इंडोज टीवी देख रहे सारे दर्शकों का मैं हरजिंदर सिंह ढिल्लों स्वागत करदा। तो अज असी शहीदों की धरती श्री फतेहगढ़ साहब विखे तो तुहानूं तस्वीरां दिखावांगे। ये तस्वीरां तुहानूं शहीदों की धरती श्री फतेहगढ़ साहब दियां दिखावांगे। तुहानूं दिखा रहे हैं कि इत्थों दे जिहड़े शहीदी दिहाड़े नूं अज मनाया जा रहा। संगतां काफ़ी जिहड़ियां कि वड्डी गिणती दे विच पहुंचियां होईयां ने ते अज लास्ट दिन आ जिहड़ा कि इत्थे सभा दा तुहानूं असीं दिखा रहे हैं। ये सभा गी शहीदी सभा गी जिस सभा दे तस्वीरां असीं तुहाडे नाल साझियां करदे हां। की हाल है जी, किवें हो, ठीक हो? किवें रिहा अज दा जो समागम शहीदी समागम सीगा उस नूं देखदे हो? इत्थे आई वार मिलदे आंगे ते सोग भी आ ते चढ़दी कला दे जकारे भी गूंजदे आ। इन्हां दिनां दे विच आपां कोई ज़्यादा कुछ बोल नहीं सकते क्योंकि महाराज की किरपा दे नाल अब इत्थे बहुत वड्डी गिणती दे विच संगतां आईयां ने ते सारियां संगतां विरागमई ढंग दे विच इत्थे नतमस्तक हो रहीआं ने ते जकारे गूंज रहे ने सतगुरां दी किरपा दे गैल। तुसीं आ देखदे हो भी नगर कीर्तन कड्ढे जा रहे ने। पालकी साहब कुछ समय दे विच इत्थे पहुंच जाएगा। तस्वीरां दे विच तुहानूं असीं जिवें बाई ने दस्सिआ कि असीं ज़्यादा बोल नहीं सकदे हुंदे क्योंकि चढ़दी कला दे जकारे जरूर गूंजणगे। इत्थे बोले सो निहाल दे जकारे जरूर लगणगे। पिछे ये गल्लां चलियां कि इत्थे मंतवी बिगल बजाए जाण। अज जिन्हां ने वो ट्वीट करे, जिन्हां ने वो कईयां गल्लां जां जिन्हां ने वो शेयरिंग करियां तो ये तस्वीर नूं अज जरूर देखण। इत्थे अज बोले सो निहाल दे जकारे गूंजणगे। इत्थे अज चढ़दी कला दा प्रतीक जिहड़ा कि नगर कीर्तन आ ये दर्शाउंदा, ये दसदा कि जदों हुकूमत ने सज़ा देण दी गल कीती तां उदों बोले सो निहाल दे जकारे लगाए गए। उदों छोटे साहिबजादिਆਂ ਦੇ ਵੱਲੋਂ ਵੱਡੇ ਜਿਹੜੇ ਕਿ ਸਾਕੇ ਸੀ ਉਹ ਕੀਤੇ ਗਏ। ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ ਇਸ ਧਰਤੀ ਤੇ। ਇਸ ਧਰਤੀ ਨੂੰ ਸਜਦਾ ਕਰੀਦਾ ਕਿ ਜਦੋਂ ਇੱਥੇ ਸੰਗਤ ਆਉਂਦੀ ਹੈ ਤਾਂ ਸੰਗਤ ਦੇ ਵੱਲੋਂ ਬਹੁਤ ਜੋਸ਼ ਦੇ ਨਾਲ ਬਹੁਤ ਹੋਸ਼ ਦੇ ਨਾਲ ਜਿਹੜਾ ਕਿ ਇੱਥੇ ਆ ਕੇ ਮੱਥਾ ਟੇਕੀਦਾ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਦਾ। ਤਾਂ ਮੁਲਾਜ਼ਮ ਨੇ ਸਰ 3-4 ਦਿਨ ਹੋ ਗਿਆ ਲਗਾਤਾਰ ਡਿਊਟੀ ਆ। ਸੰਗਤ ਦਾ ਉਹਨਾਂ ਨਾਲ ਵੀ ਕਰ ਲਾਂਗੇ। ਤੁਸੀਂ ਵੀ ਤਾਂ ਮੁਲਾਜ਼ਮ ਸੇਵਾਦਾਰ ਹੋ। ਹਾਂ ਸੇਵਾਦਾਰ। ਤਾਂ ਅਸੀਂ ਇੱਧਰ ਵੀ ਚਲੋ ਇਹਨਾਂ ਦੀ ਮਜਬੂਰੀ ਹੁੰਦੀ ਆ। ਸਰ ਮਾਹੌਲ ਕਿਵੇਂ ਦਾ ਲੱਗ ਰਿਹਾ ਜਿਹੜਾ ਇੱਥੇ ਸ਼ਹੀਦੀ ਸਭਾ ਦਾ ਮਾਹੌਲ ਹੁੰਦਾ? ਇੱਥੇ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜਦੇ ਨੇ ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ। ਵੇਖੋ ਜੀ ਇਹ ਤੇ ਹੁਣ ਗੱਲ ਕਹਿਣ ਵਾਲੀ ਤੇ ਕਰਨ ਵਾਲੀ ਨਹੀਂ ਹੈ। ਜਿਹੜੇ ਇੱਥੋਂ ਦਾ ਇਤਿਹਾਸ ਹੈ ਉਹ ਤਾਂ ਹਰ ਸਿੱਖ ਨੂੰ ਪਤਾ ਹੈ। ਤੇ ਲੂੰ ਕੰਡੇ ਖੜੇ ਕਰਨ ਵਾਲਾ ਇਤਿਹਾਸ ਹੈ ਇੱਥੇ ਦਾ। ਆਪਣੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ 2 ਛੋਟੇ ਸਾਹਿਬਜ਼ਾਦੇ ਇੱਥੇ ਜਿਹੜੇ ਨੀਹਾਂ 'ਚ ਉਹ ਚੁਣੇ ਗਏ ਨੇ ਤੇ ਚਿਣ ਕੇ ਉਹ ਇੱਥੇ ਸ਼ਹੀਦ ਕੀਤੇ ਗਏ ਨੇ। ਉਸ ਮੌਕੇ ਦੀ ਸਰਕਾਰ ਵੱਲੋਂ ਮਾਹੌਲ ਤੇ ਹੁਣ ਲੋਕੀ ਇੱਥੇ ਜਿਹੜੀ ਵੀ ਸੰਗਤ ਆਉਂਦੀ ਆ ਬੜੀ ਸ਼ਰਧਾ ਦੇ ਨਾਲ ਆਪਣੇ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਆਉਂਦੀ ਹੈ। ਉਹਨਾਂ ਦੀਆਂ ਮਤਲਬ ਸਭਾ ਨੂੰ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਤੇ ਬੜਾ ਵਧੀਆ ਮਾਹੌਲ ਹੈ। ਲੰਗਰ ਗੁਰੂ ਮਹਾਰਾਜ ਦੇ ਪਾਤਸ਼ਾਹ ਸੰਗਤ ਨੇ ਲਾਏ ਹੋਏ ਆ ਤੇ ਬੜਾ ਵਧੀਆ ਮਾਹੌਲ ਹੈ, ਸੇਫ ਹੈ। ਕੋਈ ਦਿੱਕਤ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਜਿੱਦਾਂ ਤੁਹਾਡੀ ਡਿਊਟੀਆਂ ਲੱਗਦੀਆਂ ਨੇ ਆਈ ਵਾਰ ਤੁਸੀਂ ਇੱਥੇ ਆਉਂਦੇ ਹੋ? ਕੋਈ ਅਜਿਹੀ ਸ਼ਰਾਰਤੀ ਅਨਸਰ ਵੀ ਕਈ ਵਾਰ ਵੜ ਜਾਂਦੇ ਨੇ ਅਜਿਹੇ ਇਕੱਠਾਂ ਦੇ ਵਿੱਚ ਜੀ ਜਦੋਂ ਇੱਥੇ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਜਿਹੜਾ ਕਿ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ? ਵੇਖੋ ਜੀ ਇੱਕ ਚੀਜ਼ ਜਿਹੜੀ ਹੋ ਜਾਣੀ ਨਾ ਇੱਕ ਪਾਸਾ ਪਲਟ ਜਾਣਾ ਉਹ ਤਾਂ ਯੁੱਗ ਪਲਟਣ ਦੇ ਪ੍ਰਤੀਕ ਹੁੰਦਾ। ਜੇ ਇੱਥੇ ਮੰਨ ਲਓ ਦੁਨੀਆ 'ਤੇ ਇੱਕ ਬੰਦਾ ਵੀ ਕਿਸੇ ਦੂਜੇ ਕਿਸਮ ਦਾ ਹੈਗਾ ਤੇ ਉਹ ਮਤਲਬ ਹੁੰਦਾ ਵਾ। ਜੇ ਮੰਨ ਲਓ ਸਾਰੇ ਸੰਤੀ ਬਣ ਗਏ ਤੇ ਯੁੱਗ ਪਲਟੀ ਹੋ ਜਾਣਾ। ਜੇ ਸਾਰੇ ਚੋਰ ਬਣ ਗਏ ਤਾਂ ਵੀ ਯੁੱਗ ਪਲਟੀ ਹੋ ਜਾਣਾ। ਹਰ ਤਰ੍ਹਾਂ ਦੀ ਦੁਨੀਆ ਇੱਥੇ ਆਉਂਦੀ ਹੈ, ਠੀਕ ਨਹੀਂ? ਚੋਰ ਵੀ ਆਸਤਾ ਲੈ ਕੇ ਆਉਂਦਾ ਵੀ ਮੈਨੂੰ ਇੱਥੇ ਕੋਈ ਨਾ ਕੋਈ ਮਿਲ ਜੂਗਾ। ਹਰ ਬੰਦੇ ਦੀ ਆਸਤਾ ਹੁੰਦੀ ਆਪਣੀ ਆਪਣੀ, ਉਸ ਹਿਸਾਬ ਨਾਲ ਹਰ ਬੰਦਾ ਇੱਥੇ ਆਉਂਦਾ। ਲੈਣ ਵਾਸਤੇ ਆਉਂਦਾ, ਜੋ ਆਉਂਦਾ ਇੱਥੇ ਕੋਈ ਲੈਣ ਵਾਸਤੇ ਆਉਂਦਾ, ਦੇਣ ਵਾਸਤੇ ਕੋਈ ਕਿਸੇ ਨੂੰ ਨਹੀਂ ਆਉਂਦਾ। ਓਕੇ, ਥੈਂਕ ਯੂ। ਤਾਂ ਇੱਥੇ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਲੱਗੀ ਆ ਪਿਛਲੇ 3-4 ਦਿਨਾਂ ਤੋਂ ਇੱਥੇ ਨੇ। ਜਦੋਂ ਸ਼ਹੀਦੀ ਸਭਾ ਦੇ ਦਿਨ ਨੇੜੇ ਆਉਂਦੇ ਨੇ ਤਾਂ ਉਦੋਂ ਸੰਗਤਾਂ ਦੇ ਵਿੱਚ ਇੱਕ ਜਿਹੜਾ ਚਾਅ ਗਾ ਉਹ ਹੁੰਦਾ ਗਾ ਕਿ ਅੱਜ ਦੇ ਦਿਨ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੀ। ਤਾਂ ਇਹ ਵੀ ਇੱਕ ਇਤਿਹਾਸ ਦਾ ਹੀ ਅੰਗ ਆ ਜਿਹੜਾ ਕਿ ਗੱਤਕਾ ਖੇਡਿਆ ਜਾਂਦਾ। ਇਹ ਵੀ ਇੱਕ ਇਤਿਹਾਸ ਦਾ ਇੱਥੇ ਸੰਗਤ ਆ ਜਿਹੜੀ ਉਹ ਖੜੀ ਹੋਈ ਆ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇਹ ਤਸਵੀਰਾਂ
ਤੁਹਾਨੂੰ ਦਿਖਾਈਆਂ ਜਾਣ। ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜਿਹੜਾ ਕਿ ਸਾਹਮਣੇ ਆਵੇਗਾ। ਅਸੀਂ ਤੁਹਾਡੇ ਨਾਲ ਇੱਥੋਂ ਦੀਆਂ ਜਿਹੜੀਆਂ ਕਿ ਤਸਵੀਰਾਂ ਅੱਜ ਸਾਂਝੀਆਂ ਕਰਾਂਗੇ। ਸ਼ਹੀਦੀ ਸਭਾ ਦੀਆਂ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਕਿਸ ਤਰ੍ਹਾਂ ਜਿਹੜੀਆਂ ਕਿ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਜਿਹੜਾ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾ ਰਹੇ ਨੇ। ਨਿਹੰਗ ਸਿੰਘ ਫੌਜਾਂ ਦੇ ਵੱਲੋਂ ਜਿਹੜੀ ਕਿ ਆਪਣੀ ਕਲਾ ਗੀ ਉਹ ਇੱਥੇ ਦਰਸਾਈ ਜਾਂਦੀ ਆ, ਵਰਤਾਈ ਜਾਂਦੀ ਆ। ਤਾਂ ਇਹ ਗੁਰੂ ਦੀ ਕਲਾ ਗੀ ਇਸ ਧਰਤੀ ਦੇ ਉੱਪਰ, ਜਿਹੜੀ ਕਿ ਅਕਾਲ ਪੁਰਖ ਦੀ ਕਲਾ ਵਰਤਦੀ ਆ। ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ ਇਹ ਦਿਨ। ਜਦੋਂ ਕਿਹਾ ਗਿਆ ਕਿ ਇੱਕ ਮੰਤਵੀ ਬਿਗਲ ਵੱਜੂਗਾ ਤਾਂ ਫਿਰ ਸੰਗਤਾਂ ਨੇ ਦੱਸਿਆ ਕਿ ਮੰਤਵੀ ਬਿਗਲ ਨਹੀਂ ਹੁੰਦੇ, ਨਗਾਰੇ ਵੱਜਦੇ ਹੁੰਦੇ ਨੇ। ਚੜ੍ਹਦੀ ਕਲਾ ਦਾ ਪ੍ਰਤੀਕ ਸੀ ਉਦੋਂ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜੇ ਸੀ। ਉਦੋਂ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਭਾਣਾ ਮੰਨਿਆ ਸੀ। ਇਹ ਕਾਫੀ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਮੰਤਵੀ ਬਿਗਲ ਵੱਜਣਗੇ, ਇਹ ਹੋਊਗਾ, ਉਹ ਹੋਊਗਾ, ਪਰ ਇਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਜੀ। ਇਹ ਤਾਂ ਸ਼ੁਰੂ ਤੋਂ ਹੀ ਨੇ ਸਿੱਖ ਪੰਥ ਜੂਝਦਾ ਹੋਇਆ। ਸਿੱਖ ਪੰਥ ਜੂਝਣ ਕਰਕੇ ਖਾਲਸਾ ਜਕਾਰੇ ਚੱਲਦੇ ਨੇ, ਬਿਗਲ ਨਹੀਂ ਚੱਲਦੇ ਉਰੇ। ਖਾਲਸਾ ਜਾਂ ਬੋਲ ਵਾਲਾ ਹੁੰਦਾ, ਖਾਲਸੇ ਜਕਾਰੇ ਲੱਗਦੇ ਨੇ। ਕਿ ਇਹ ਮਾਹੌਲ ਨੂੰ ਜਦੋਂ ਦੇਖਦੇ ਹੋ ਮਨ ਨੂੰ ਇੱਕ ਰੁੱਗ ਵੀ ਭਰਿਆ ਜਾਂਦਾ, ਅੰਦਰੋਂ ਹੌਂਕਾ ਵੀ ਆਉਂਦਾ। ਚੜ੍ਹਦੀ ਕਲਾ ਇਹ ਸਾਡੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਛੋਟੀਆਂ ਜਿੰਦਾਂ ਵੱਡਾ ਸਾਕਾ। ਜਦੋਂ ਆਪਣੀ ਦੇਖੋ ਜਿੰਦ ਕੁਛ ਨਹੀਂ ਹੁੰਦੀ ਬੰਦੇ ਜਿਹੜਾ ਅੰਦਰ ਹੈ, ਅੰਦਰ ਦੀ ਆਤਮਾ ਹੈ ਜਾਂ ਸਾਡੀ ਅੰਦਰ ਉਹਨਾਂ ਦੀ ਕੀ ਸਾਹਿਬਜ਼ਾਦਿਆਂ ਦੀ ਆਤਮਾ ਮਾਰਨੀ ਚਾਹੁੰਦੇ ਸੀਗੇ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾਂਦੇ ਨੇ। ਇੱਧਰ ਤਸਵੀਰ ਦਿਖਾ। ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ। ਤਾਂ ਦੇਖ ਰਹੇ ਹੋ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਵਾਰੀ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ। ਕਿੰਨੀ ਉਮਰ ਆ ਬਜ਼ੁਰਗੋ ਤੁਹਾਡੀ? 65 ਤੋਂ ਉੱਪਰ ਆ ਜੀ। 65 ਤੋਂ ਉੱਪਰ। ਹਾਂਜੀ। ਬਾਬਾ ਦੀਪ ਸਿੰਘ ਦੀ ਯਾਦ ਦਿਵਾਤੀ ਆ ਜਦੋਂ ਬਾਬਾ ਦੀਪ ਸਿੰਘ ਨੇ ਖੰਡੇ ਦੀ ਗੱਲ ਕੀਤੀ, ਕਿਹਾ ਕਿ ਜਿਹੜੇ ਨੂੰ ਜਾਨ ਪਿਆਰੀ ਆ ਉਹ ਇਸ ਲਕੀਰ ਤੋਂ ਪਿੱਛੇ ਮੁੜ ਜਾਓ, ਜਿਨ੍ਹਾਂ ਨੂੰ ਗੁਰੂ ਪਿਆਰਾ ਉਹ ਅੱਗੇ ਆ ਜਾਓ। ਸਹੀ ਹੈ ਜੀ। ਅੱਜ ਜਦੋਂ ਤੁਸੀਂ ਗੱਤਕਾ ਖੇਡ ਰਹੇ ਸੀ ਤਾਂ ਉਹ ਯਾਦ ਆ ਗਈ, ਉਹ ਕਥਾ ਜਿਹੜੀ ਉਹ ਕਹਾਣੀ ਇਹ ਜਦਾ ਹੀ ਯਾਦ ਆ ਸਿੰਘਾਂ ਨੂੰ। ਸਿੰਘਾਂ ਦੇ ਹਿਰਦੇ ਵਿੱਚ ਜਿੰਨੇ ਗੱਤਕੇ ਸਭ ਦੇ ਹਿਰਦੇ ਤੋਂ ਬਾਹਰ ਕਿਤੇ ਨਹੀਂ ਗਏ। ਮਹਾਰਾਜ ਨਾਲ ਹੀ ਨੇ। ਦੇਖ ਸਕਦੇ ਹੋ ਕਿ ਜੀ ਬਈ ਜਿਨ੍ਹਾਂ ਜਨਮ ਲਿਆ ਖੰਡੇ ਦੀ ਧਾਰ ਵਿੱਚੋਂ, ਉਹਨਾਂ ਸਿੰਘਾਂ ਨੇ ਪੁੱਤ ਸਰਦਾਰ ਜੰਮਣੇ। ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਕਈ ਅਜੀਤ ਜੰਮਣੇ, ਕਈ ਜੁਝਾਰ ਜੰਮਣੇ। ਸਿੱਖ ਕੌਮ ਨਾ ਕਿਸੇ ਦੀ ਈਨ ਮੰਨੇ, ਇਹਨਾਂ ਪੰਡ ਗੁਲਾਮੀ ਦੀ ਚੁੱਕਣੀ ਰਹੀ। ਇਹਨਾਂ ਨੂੰ ਮਾਰਦਿਆਂ ਮੁੱਕ ਗਈ ਕੁੱਲ ਦੁਨੀਆ, ਇਹ ਕਿਸੇ ਦੇ ਮਾਰਿਆ ਮੁੱਕਣੀ ਰਹੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹੀ ਇੱਕ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਹ ਜੋ ਗੱਤਕਾ ਖੇਡਿਆ ਜਾਂਦਾ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਸ ਨੂੰ ਦੇਖ ਕੇ
ਇਹ ਕਿਹਾ ਜਾਂਦਾ ਕਿ ਜਿਸ ਦੀ ਰਗਾਂ ਦੇ ਵਿੱਚ ਖੂਨ ਖੋਲਣ ਲੱਗ ਜਾਂਦਾ। ਤੁਸੀਂ ਦੇਖ ਸਕਦੇ ਹੋ ਇੱਥੇ ਪੁਰਾਤਨ ਸ਼ਾਸਤਰ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇੱਥੇ ਸ਼ਾਸਤਰ ਨੇ ਉਹ ਵੀ ਨਾਲ-ਨਾਲ ਦਿਖਾਏ ਜਾਂਦੇ ਨੇ, ਨਾਲ-ਨਾਲ ਉਹਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਆ। ਤਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਆਉਂਦੀਆਂ ਨੇ ਤੁਕਾਂ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕੋਈ ਕਿਸੇ ਕੋ ਰਾਜ ਨਾ ਦੇਹੋ, ਜੋ ਲੇਹੋ ਨਿਜ ਵੱਲ ਸੇ ਲੇਹੋ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਜੋ ਭਾਰੀ ਇਕੱਠ ਆ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ। ਤਾਂ ਅੱਗੇ ਪਿਛਲੇ ਪਾਸੇ ਬਹੁਤ ਸਾਰੀ ਜਿਹੜੀ ਕਿ ਸੰਗਤ ਆ ਉਹ ਚਲਦੀ ਚਲਦੀ ਅੱਗੇ ਜਾ ਰਹੀ ਆ। ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ। ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ। ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਆ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਚਿਣ ਰਹੇ ਨੇ ਜਿਹੜੇ ਜਲਾਦ ਨੇ, ਉਹ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣ ਰਹੇ ਨੇ। ਤਾਂ ਇਹ ਤਸਵੀਰ ਬਹੁਤ ਕੁਝ ਆ ਜਿਹੜਾ ਕਿ ਬਿਆਨ ਕਰਦੀ ਆ। ਤਾਂ ਇਸ ਦੇ ਉੱਪਰ ਗੁਰਬਾਣੀ ਦੀਆਂ ਤੁਕਾਂ ਜੋ ਲਿਖੀਆਂ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੇ, ਸਿਰ ਦੀਜੇ ਕਾਜ ਨਾ ਕੀਜੇ। ਤਾਂ ਇਹ ਤਸਵੀਰਾਂ ਦੇ ਵਿੱਚ ਜੋ ਕੁਝ ਬਿਆਨ ਹੁੰਦਾ ਤਾਂ ਹੂਬਹੂ ਉਹ ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਬਿਲਕੁਲ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ ਜਦੋਂ ਇਹ ਦਿਨ ਚੱਲਦੇ ਨੇ। ਜਦੋਂ ਅਸੀਂ ਉਸ ਦਰਬਾਰ ਸਾਹਿਬ ਉਸ ਕੰਧ ਦੇ ਕੋਲ ਜਾਂਦੇ ਆ ਤਾਂ ਵਜੀਦੇ ਖਾਨ ਦੀਆਂ ਤਸਵੀਰਾਂ ਆਉਂਦੀਆਂ ਨੇ ਸਾਹਮਣੇ ਕਿ ਕਿਸ ਤਰ੍ਹਾਂ ਦੇ ਜ਼ਾਲਮ ਸੀ ਉਸ ਸਮੇਂ ਦੀ ਹਕੂਮਤ, ਕਿਸ ਤਰ੍ਹਾਂ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੇ ਚੜ੍ਹਦੀ ਕਲਾ ਦੇ ਜਕਾਰੇ ਛੱਡੇ ਸੀ। ਉਦੋਂ ਵੀ ਕਹਿੰਦੇ ਸੀ ਕਿ ਸੂਬਿਆ ਸਾਨੂੰ ਤੇਰੀ ਈਨ ਪਿਆਰੀ ਨਹੀਂ, ਸਾਨੂੰ ਗੁਰੂ ਪਿਆਰਾ ਤੇ ਸਾਨੂੰ ਕੌਮ ਪਿਆਰੀ ਆ। ਇਸ ਨੀਹਾਂ ਦੇ ਵਿੱਚ ਜਿਹੜੀ ਨੀਂਹ ਧਰ ਕੇ ਗਏ ਨੇ ਸਿੱਖੀ ਦੀ, ਤਾਂ ਉਹ ਸਦਾ ਤੱਕ ਜਿਹੜੀ ਕਿ ਉਮਰਾਂ ਤੱਕ ਰਹਿੰਦੀ, ਦੁਨੀਆ ਤੱਕ ਰਹਿਣੀ ਆ। ਇਹ ਤਸਵੀਰ ਨੂੰ ਦੇਖ ਕੇ ਕੀ ਆਉਂਦਾ ਮਨ ਦੇ ਵਿੱਚ? ਇਹ ਤਸਵੀਰਾਂ ਦੇਖ ਰਹੇ ਹੋ ਪਾਸੇ ਤੇ, ਇਹਨਾਂ ਨੂੰ ਦੇਖ ਕੇ ਕੀ ਅੱਖਾਂ ਦੇ ਮੂਹਰੇ ਕੀ ਆ ਰਿਹਾਗਾ, ਦਿਲ ਦੇ ਵਿੱਚ ਕੀ ਆ ਰਿਹਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਦੁੱਖ ਹੁੰਦਾ ਜੀ ਜਿਨ੍ਹਾਂ ਦੇ ਬੱਚਿਆਂ ਦੇ ਇੰਨਾ ਕਹਿਰ ਗੁਜ਼ਰਿਆ ਜੀ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀਆਂ ਕਿ ਅੱਜ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਕਿੰਨੀ ਉਮਰ ਆ ਤੁਹਾਡੀ? ਕਿਹੜੇ ਸਕੂਲ 'ਚ ਪੜ੍ਹਦੇ ਹੋ? ਸੇਂਟ ਬਰਿੰਡਨ ਗਾਰਡਨ। ਅੱਜ ਇੱਥੇ ਖਾਲਸੇ ਦੇ ਬੋਲਬਾਲੇ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਨਗਰ ਕੀਰਤਨ ਛੋਟੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ। ਯਾਦ ਆਉਂਦੀ ਆ ਛੋਟੇ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ? ਹਾਂਜੀ। ਕੀ ਨਾਮ ਕੀ ਆ ਤੁਹਾਡਾ? ਗੁਰਲੀਨ ਕੌਰ। ਗੁਰਲੀਨ ਕੌਰ। ਸਾਹਿਬਜ਼ਾਦਿਆਂ ਦੇ ਨਾਮ ਚਾਰਾਂ ਦੇ ਪਤਾ ਯਾਦ ਨੇ? ਬਾਬਾ ਜਰੋਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੁਰਾਰ ਸਿੰਘ ਜੀ। ਤਾਂ ਇਹ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਇਤਿਹਾਸ ਪੜ੍ਹਾਵਾਂਗੇ ਤਾਂ ਇਹਨਾਂ ਨੇ ਵੱਡੇ ਹੋ ਕੇ ਆਪਣੇ ਗਾਹਾਂ ਪੀੜ੍ਹੀਆਂ ਨੂੰ ਇਤਿਹਾਸ ਦੱਸਣਾ। ਇਹ ਇਤਿਹਾਸ ਆ ਜਿਹੜਾ ਕਿ ਜੁਗਾਂ ਤੱਕ ਚੱਲਦਾ ਰਹਿਣਾ। ਜੁਗੋ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦਕਾ, ਜਿਹੜੀ ਕਿ ਪ੍ਰੇਰਨਾ ਸਦਕਾ ਇਹ ਇਤਿਹਾਸ ਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜਿਹੜੇ ਬੱਚੇ ਨੇ ਇੱਥੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਉਹ ਪਹੁੰਚੇ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕਿ ਵੱਡੀ ਸੰਗਤ ਦਾ ਵੱਡਾ ਇਕੱਠ ਜਿਹੜਾ ਕਿ ਠਾਠਾਂ ਮਾਰਦਾ। ਬਾਬਾ ਜੀ ਕਿਵੇਂ ਅਸੀਂ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਕ ਇੱਥੇ ਬਰਾਗ ਮਨਾਈਏ ਜਾਂ ਚੜ੍ਹਦੀ ਕਲਾ ਦੇ ਜਕਾਰੇ ਛੱਡੀਏ? ਇਹ ਦੋਨਾਂ ਵਿੱਚ ਕੁਝ ਵੀ ਕਹਿ ਸਕਦੇ ਆ ਮਹਾਰਾਜ। ਇੱਕ ਬਰਾਗ ਦੇ ਵੀ ਜਕਾਰੇ ਬੱਲੇ ਜਾ ਸਕਦੇ ਨੇ ਤੇ ਖੁਸ਼ੀ ਦੇ ਵੀ ਜਕਾਰੇ ਜੀ। ਖੁਸ਼ੀ ਦੇ ਐਂਚਨ ਜੀ ਜੋ ਸ਼ਹੀਦੀ ਛੋਟੇ ਸਾਹਿਬਜ਼ਾਦੇ ਨੇ ਪਾਈ ਹੈ ਸਾਡੇ ਲਈ, ਉਹ ਕੋਈ ਨਹੀਂ ਜ਼ਿੰਦਗੀ 'ਚ ਪਾ ਸਕਦਾ ਮਹਾਰਾਜ। ਉਹ ਬਰਾਗ ਹਾਂਜੀ ਖੁਸ਼ੀ ਦੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਹਮੇਸ਼ਾ ਹੀ ਰਹੂਗੀ ਜੀ। ਮੰਤਮੀ ਬਿਗਲ ਵਜਾਉਣ ਦੀਆਂ ਗੱਲਾਂ ਹੋਈਆਂ, ਮੁੱਖ ਮੰਤਰੀ ਕਹਿੰਦੇ ਮੰਤਮੀ ਬਿਗਲ ਵਜਾਇਆ ਜਾਊਗਾ। ਮੰਤਮ ਤਾਂ ਨਹੀਂ ਮਨਾਇਆ ਕਦੇ? ਨਹੀਂ ਜੀ, ਨਹੀਂ ਖਾਲਸੇ ਨੇ ਕਦੇ ਨਹੀਂ ਮਨਾਇਆ ਜੀ।
ਚੜ੍ਹਦੀ ਕਲਾ 'ਚ ਰਿਹਾ ਤਾਂ ਚੜ੍ਹਦੀ ਕਲਾ 'ਚ ਹੀ ਰਹੇਗਾ ਜੀ। ਬਿਲਕੁਲ। ਹਾਂਜੀ, ਤਾਂ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਜੋ ਇੱਥੇ ਸੰਗਤ ਅੱਜ ਪਹੁੰਚੀ ਆ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਇਸ ਧਰਤੀ ਤੇ ਲਿਆਂਦਾ ਗਿਆ, ਇਸ ਜਗ੍ਹਾ ਤੇ ਲਿਆਂਦਾ ਗਿਆ, ਤਾਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਬੜੀਆਂ ਜਿਹੜੀਆਂ ਕਿ ਕਹਾਣੀਆਂ, ਬੜਾ ਜਿਹੜਾ ਕਿ ਇਤਿਹਾਸ ਪਿਆ, ਜਿਸ ਨੂੰ ਫਰੋਲਦੇ ਆ ਤਾਂ ਬੜਾ ਕੁਝ ਜਿਹੜਾ ਕਿ ਨਿਕਲਦਾ ਵਾ। ਇਤਿਹਾਸ ਦੇ ਵਿੱਚੋਂ ਬਹੁਤ ਕੁਝ ਆ ਜਿਹੜਾ ਕਿ ਸਿੱਖਣਾ ਬਾਕੀ ਆ। ਜਦੋਂ ਇਤਿਹਾਸ ਨੂੰ ਅਸੀਂ ਫਰੋਲਦੇ ਆ ਤਾਂ ਇਤਿਹਾਸ ਦੇ ਵਿੱਚੋਂ ਬਹੁਤ ਕੁਝ ਅਜਿਹੇ ਤੱਥ ਸਾਹਮਣੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਜਾਂ ਜਿਨ੍ਹਾਂ ਨੂੰ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੜ੍ਹ ਕੇ ਇਹ ਲੱਗਦਾ ਕਿ ਇਸ ਕੌਮ ਦੇ ਸਿਰ ਸ਼ਾਇਦ ਇਹੀ ਕੁਝ ਲਿਖਿਆ, ਇਸ ਕੌਮ ਨੇ ਰਾਜ ਵੀ ਕੀਤਾ ਤੇ ਇਸ ਕੌਮ, ਤੁਸੀਂ ਦੇਖੋ ਕਿ ਜਵਾਨ ਨੇ ਬਈ ਇੱਥੇ ਸਵਾਗਤ ਦੇ ਲਈ ਖੜੇ ਹੋ। ਯਾਦ ਦੇ ਵਿੱਚ ਇੱਕ ਨਗਰ ਕੀਰਤਨ ਆ ਜਿਹੜਾ ਕਿ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਬਰਨਾਲਾ ਸ਼ਹਿਰ ਤੋਂ। ਬਰਨਾਲੇ ਤੋਂ? ਹਾਂ ਜੀ। ਮੇਰੇ ਵਾਲੀ ਸਾਈਡ ਤੋਂ ਆਏ ਹੋ। ਕਿਹੜਾ ਪਿੰਡ ਆ? ਧਨੌਲਾ। ਇਹ ਮੇਰੇ ਪਿੰਡਾਂ ਵੱਲ ਦੇ ਨੇ ਨੌਜਵਾਨ। ਮੇਰੇ ਪਿੰਡਾਂ ਵੱਲੋਂ ਬੜੀ ਸੰਗਤ ਆਉਂਦੀ ਆ, ਤੁਹਾਨੂੰ ਦੱਸ ਦਈਏ ਕਿ ਉਧਰਲੀ ਸਾਈਡ ਤੋਂ ਬੜੀ ਸੰਗਤ ਆਉਂਦੀ ਆ। ਟਰੈਕਟਰਾਂ ਤੇ ਆਏ ਹੋ? ਹਾਂਜੀ, ਟਰੈਕਟਰਾਂ ਤੇ। ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ? ਸਾਨੂੰ ਅਸੀਂ 24 ਤਰੀਕ ਦੇ ਆਏ ਹਾਂ। 24 ਤਰੀਕ ਦੇ। ਅੱਜ ਇੱਥੇ ਕੀ ਭਰਨ ਕਰਕੇ ਜਾਓਗੇ? ਜਿਵੇਂ ਨਾਈ ਦੀ ਦੁਕਾਨ ਤੇ ਜਾਂਦੇ ਹੋ, ਕੇਸ ਦਾੜੀ ਕਤਲ ਕਰਵਾਉਣੇ ਨਹੀਂ ਕਰਵਾਉਂਦੇ? ਕੋਈ ਹੈ ਦਿਲ ਦੇ ਵਿੱਚ? ਨਹੀਂ ਨਹੀਂ, ਹਲੇ ਕੋਈ ਮਨ ਨਹੀਂ ਬਣਿਆ ਨਾ। ਜਦੋਂ ਬਾਬੇ ਨੇ ਚਾਹਿਆ ਕੋਈ ਨਹੀਂ, ਅੰਮ੍ਰਿਤ ਛਕ ਲਾਂਗੇ। ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਮਿਹਰ ਹੋਵੇ, ਵਾਹਿਗੁਰੂ ਇਹਨਾਂ ਤੇ ਮਿਹਰ ਕਰੇ। ਕਿ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਨਗਰ ਕੀਰਤਨ ਗੁਜ਼ਰ ਰਿਹਾ, ਇਹ ਤੁਹਾਡੇ ਨਾਲ ਨੇ ਨੌਜਵਾਨ। ਤੇ ਕਿੰਨੇ ਦਿਨ ਹੋ ਗਏ ਇੱਥੇ ਆਇਆਂ ਨੂੰ? ਹੋ ਗਏ 2 ਦਿਨ ਹੋ ਗਏ ਜੀ। 2 ਦਿਨ ਹੋ ਗਏ। ਇੱਥੇ ਸੇਵਾ ਕਰਨ ਆਉਣੇ ਹੋ? ਹਾਂ, ਸੇਵਾ ਕਰਨੀ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਹੜੀ ਕਿ ਸੰਗਤ ਆ ਇਸ ਜਗ੍ਹਾ ਤੇ ਪਹੁੰਚੀ ਆ। ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰੀਏ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਹ ਪੰਜ ਪਿਆਰਿਆਂ ਦੀ ਯਾਦ ਦਿਵਾ ਰਹੀਆਂ ਤਸਵੀਰਾਂ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਅੱਗੇ ਆਉਂਦਾ। ਤਾਂ ਅੱਜ ਕੋਸ਼ਿਸ਼ ਕਰਾਂਗੇ ਕਿ ਪੂਰੀ ਦੀ ਪੂਰੀ ਜਿਹੜੀ ਕਿ ਤਸਵੀਰ ਆ ਤੁਹਾਡੇ ਸਨਮੁਖ ਕਰੀ ਜਾਵੇ, ਤੁਹਾਡੇ ਰੂਬਰੂ ਕਰੀ ਜਾਵੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਜਿਹੜਾ ਕਿ ਸਾਹਮਣੇ ਆਵੇਗਾ, ਜਿਹੜਾ ਕਿ ਇਹ ਦੱਸੇਗਾ ਕਿ ਉਸ ਵਕਤ ਚੜ੍ਹਦੀ ਕਲਾ ਦੇ ਜਕਾਰੇ ਗੂੰਜੇ ਤੇ ਅੱਜ ਵੀ ਉਹ ਜਕਾਰੇ ਜਿਉਂ ਦੀ ਤਿਉਂ ਗੂੰਜ ਰਹੇ ਨੇ। ਕਿਹੜੇ ਥਾਂ ਤੋਂ ਆਏ ਹੋ ਤੁਸੀਂ? ਹੈਂ? ਕਿਹੜੇ ਥਾਂ ਤੋਂ ਆਏ ਹੋ? ਅਸੀਂ ਤੁਸੀਂ ਬਠਾਣਾ ਤੋਂ ਜੀ। ਅੱਛਾ, ਇਹ ਇੱਥੇ ਪਹੁੰਚੇ ਹੋ, ਕਿੱਦਾਂ ਦਾ ਮਹਿਸੂਸ ਕੀ ਹੋ ਰਿਹਾ ਇਸ ਜਗ੍ਹਾ ਨੂੰ ਦੇਖ ਕੇ? ਕੀ ਮਹਿਸੂਸ ਕੀ ਕਰਦੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਿੰਨੇ ਉਹ ਕੁਰਬਾਨੀ ਕੀਤੀ ਹੈ ਜਿਨ੍ਹਾਂ ਨੇ, ਵੀ ਉਹ ਕਿੰਨੇ ਮਹਾਨ ਸ਼ਹੀਦਾਂ ਨੇ। ਤਾਂ ਕਿੰਨੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣੇ ਆ ਉਹ ਦਿਨ। ਤਾਂ ਇਹ ਠੀਕ ਹੋ? ਇਹ ਠੀਕ ਹੋ? ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਇੱਥੋਂ ਜਿਹੜਾ ਕਿ ਪਿੱਛੇ ਚੱਲਦੇ ਹਾਂ। ਤਾਂ ਜਦੋਂ ਤਸਵੀਰ ਤੁਹਾਨੂੰ ਦਿਖਾਉਣੀ ਆ ਪਿਛਲੀ, ਤਾਂ ਬਹੁਤ ਕੁਝ ਜਿਹੜਾ ਕਿ ਸਾਹਮਣੇ ਆ ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਟੱਲ ਨੇ ਤੇ ਟੱਲ ਰਹਿਣੇ ਆ।
ਇਹਨਾਂ ਝੰਡਿਆਂ ਦੇ ਨਾਲ ਪ੍ਰਤੀਕ ਹੁੰਦਾ ਕਿ ਚੜ੍ਹਦੀ ਕਲਾ ਵਾਲਾ ਦਿਨ ਹੈ। ਅਸੀਂ ਤੁਹਾਨੂੰ ਇਹ ਤਸਵੀਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਤੇ ਜੁਗਾਂ ਜੁਗਾਂ ਤੱਕ ਇਹ ਸਾਕੇ ਜਿਉਂਦੇ ਰਹਿਣੇ ਆ। ਜਦੋਂ ਵੀ ਇਹ ਦਿਨ ਆਵੇਗਾ ਤਾਂ ਉਦੋਂ ਹੀ ਖਾਲਸਾ ਪੰਥ ਇੱਥੇ ਇਕੱਠਾ ਹੋਵੇਗਾ ਤੇ ਝੰਡੇ ਬੁੰਗੇ ਜੁਗੋ ਜੁਗ ਅਟੱਲ ਦਾ ਜਿਹੜਾ ਕਿ ਪ੍ਰਤੀਕ ਆ ਉਹ ਸਾਂਝਾ ਕਰਦਾ ਰਹੇਗਾ। ਤਾਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਸਿੰਘ ਸਾਹਿਬ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਨੂੰ ਇਹ ਦੇਖੋ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਅੱਜ ਸਾਡਾ ਉਹ ਸ਼ੁਭ ਦਿਹਾੜਾ ਹੈ ਜਿਸ ਤੋਂ ਸਾਨੂੰ ਸਿੱਖੀ ਦੀ ਪ੍ਰੇਰਨਾ ਮਿਲਦੀ ਹੈ, ਜਿੱਥੇ ਸਾਡੇ ਸਿੱਖੀ ਦੇ ਬੂਟੇ ਨੂੰ ਖੂਨ ਨਾਲ ਸਿੰਚਿਆ ਗਿਆ ਹੈ। ਅੱਜ ਜੋ ਸਿੰਚੇ ਬੂਟੇ ਦੀ ਅੱਜ ਤੁਸੀਂ ਸ਼ਾਨ ਮਾਣ ਦੇਖ ਰਹੇ ਹੋ। ਸੰਗਤ ਇਸ ਨੂੰ ਅਫਸੋਸ ਨਾਲ ਮਨਾਉਂਦੀ, ਅਫਸੋਸ ਨਹੀਂ, ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅੱਜ ਜਿੰਨੀ ਵੀ ਸੰਗਤ ਸਾਡੇ ਨਾਲ ਆਈ ਹੈ ਇਹ ਖਾਲਸਾ ਪ੍ਰਚਾਰ ਜਥਾ ਪਟਿਆਲਾ ਤੋਂ ਔਰ ਪਾਣੀਪਤ ਤੋਂ ਆਈ ਹੈ, ਜਿਹੜੀ ਕਿ ਇਸ ਨਗਰ ਕੀਰਤਨ 'ਚ ਦੀ ਸ਼ੋਭਾ ਵਧਾਉਣ ਵਾਸਤੇ ਆਈ ਹੈ। ਇਹ ਸਥਾਨ ਸਭ ਤੋਂ ਪਵਿੱਤਰ ਸਥਾਨ ਹੈ, ਜਿੱਥੇ ਸਾਡੇ ਦੋ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਬਲੀਦਾਨ ਦੇ ਕੇ ਇਸ ਧਰਤੀ ਨੂੰ ਸਿੰਚਿਆ ਹੈ, ਜਿਸ ਨਾਲ ਅੱਜ ਖਾਲਸਾ ਪ੍ਰਫੁੱਲਤ ਹੋ ਰਿਹਾ ਹੈ ਤੇ ਅੱਗੋਂ ਹੋਰ ਵੀ ਹੋਏਗਾ। ਸੋ ਮੈਂ ਖਾਲਸਾ ਜੀ ਨੂੰ ਬੇਨਤੀ ਕਰਦਾ ਹਾਂ, ਇੱਕ 35 ਅੱਖਰੀ ਬਣਾਈ ਹੈ ਕਾਰਡ ਤੇ, ਜਿਸ ਨਾਲ ਊੜਾ ਐੜਾ ਈੜੀ ਸੱਸਾ ਸਾਰਾ ਦਿੱਤਾ ਗਿਆ ਹੈ ਤੇ ਉਹ ਸੰਗਤਾਂ ਨੂੰ ਇਸ ਦੇ ਮੁਤਾਬਕ ਚੱਲਣਾ ਚਾਹੀਦਾ ਤਾਂ ਕਿ ਸਾਨੂੰ ਪੰਜਾਬੀ ਵੀ ਆਵੇ ਤੇ ਸਾਨੂੰ ਇਹਦੇ ਹਰ ਇੱਕ ਲਫ਼ਜ਼ ਦੇ ਨਾਲ ਸਿੱਖੀ ਦਾ ਮਾਰਗ ਵੀ ਅਪਣਾਈਏ। ਇਹਨਾਂ ਕਹਿ ਕੇ ਮੈਂ ਆਪ ਨੂੰ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹਨਾਂ ਨੇ 35 ਲਿਖੀ ਆ, ਇਹ ਨਾਨਕਸ਼ਾਹੀ ਕੈਲੰਡਰ ਆ। ਇਸ ਦੇ ਵਿੱਚ ਜੋ ਅੱਜ ਕੱਲ੍ਹ ਦੇ ਕੈਲੰਡਰ ਨੇ ਉਹ ਕੈਲੰਡਰ ਕੁਝ ਹੋਰ ਨੇ, ਉਹ ਅੰਗਰੇਜ਼ਾਂ ਦੇ ਦਿੱਤੇ ਹੋਏ ਕੈਲੰਡਰ ਨੇ, ਪਰ ਸਿੱਖ ਕੌਮ ਦਾ, ਸਿੱਖ ਪੰਥ ਦਾ ਇਹੋ ਹੀ ਕੈਲੰਡਰ ਆ। ਇਸ ਦੇ ਵਿੱਚ ਦੇਸੀ ਮਹੀਨੇ ਨੇ, ਇਸ ਦੇ ਵਿੱਚ ਪੋਹ, ਮਾਘ, ਜੇਠ, ਹਾੜ, ਸੌਣ, ਭਾਦੋਂ ਅਜਿਹਾ ਕੁਛ ਆ। ਤੇ ਗੁਰਮੁਖੀ ਦੇ ਵਿੱਚ ਜਿਹੜੇ ਕਿ ਇਹਦੇ ਦਿਨ ਲਿਖੇ ਹੋਏ ਨੇ ਤੇ ਗੁਰਮੁਖੀ ਦੇ ਵਿੱਚ ਹੀ ਜਿਹੜੀ ਕਿ ਅੱਖਰ ਲਿਖੇ ਹੋਏ ਨੇ। ਤਾਂ ਜਿਹੜੀ 35 ਦੀ ਗੱਲ ਕਰ ਰਹੇ ਸੀ ਬਜ਼ੁਰਗ, ਉਹ 35 ਉਹ ਸਾਨੂੰ ਗੁਰੂਆਂ ਨੇ ਦਿੱਤੀ ਆ, ਉਹ ਸਾਡੇ ਗੁਰੂਆਂ ਦੀ ਆ, ਉਹ ਵੀ ਇਸ ਦੇ ਵਿੱਚ ਲਿਖੀ ਹੋਈ ਆ। ਊੜੇ ਤੋਂ ਲੈ ਕੇ ਡਾੜੇ ਤੱਕ ਜੋ ਉਸ ਦੇ ਮਤਲਬ ਨਿਕਲਦੇ ਨੇ ਸਿੱਖ ਪੰਥ ਦੇ ਵਿੱਚ, ਉਹ ਇਸ ਦੇ ਵਿੱਚ ਮੌਜੂਦ ਨੇ। ਤਾਂ ਅਸੀਂ ਰੱਖ ਸਕਦੇ ਹਾਂ। ਤਾਂ ਅਸੀਂ ਮੰਗ ਕੇ ਲੈਤੀ ਆ, ਇੱਕ ਕੈਲੰਡਰ ਲੈਤਾ ਇਹਨਾਂ ਤੋਂ। ਇਹ ਤਸਵੀਰਾਂ, ਇਹ ਕਿੰਨੀ ਉਮਰ ਦੇ ਆ? ਇਹ 1 ਸਾਲ ਦੇ ਜੀ। 1 ਸਾਲ ਦੇ ਆ। ਕਿੰਨਾ ਕੁ ਚਾਅ ਹੁੰਦਾ, ਕਿੰਨਾ ਕੁ ਖੁਸ਼ ਹੁੰਦੇ ਨੇ ਜਦੋਂ ਇਹਨਾਂ ਦੇ ਸਿਰ ਤੇ ਦਸਤਾਰ ਸਜਾਉਣੇ? ਬਹੁਤ ਖੁਸ਼ ਹੁੰਦੇ, ਬਹੁਤ ਖੁਸ਼ ਹੁੰਦੇ ਆ। ਦੇਖੋ ਠੀਕ ਹੋ? ਬੋਲਦੇ ਨੇ ਇਹ? ਨਹੀਂ, ਹਾਲੇ ਤਾਂ ਨਹੀਂ ਬੋਲਦੇ। ਨਾਲੇ ਬੋਲਣ ਨਹੀਂ ਲੱਗੇ। ਤਾਂ ਇਹ ਦੇਖ ਸਕਦੇ ਹੋ, ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਨੂੰ ਚੱਲ ਕੇ ਹੋਰ ਵੀ ਸਾਂਝੀਆਂ ਕਰਾਂਗੇ, ਕਿਉਂਕਿ ਇਹ ਸਿੰਘ ਸਜੇ ਹੋਏ ਨੇ। ਇਹ ਖਾਲਸਾ ਪੰਥ ਦੀ ਤਸਵੀਰ ਆ, ਇੱਕ ਜਿਹੜੀ ਕਿ ਕੌਮ ਦੀ ਤਸਵੀਰ ਆ, ਇੱਕ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਅਟੱਲ ਸੀ ਤੇ ਅਟੱਲ ਰਹਿਣੇ ਆ। ਇਹਨਾਂ ਦੇ ਉੱਪਰ ਬੜੇ ਸਵਾਲ ਖੜੇ ਹੁੰਦੇ ਨੇ, ਝੰਡੇ ਬੁੰਗਿਆਂ ਦੇ ਉੱਪਰ ਬੜਾ ਕੁਝ ਬੋਲਦੇ ਨੇ ਵਿਰੋਧੀ ਧਿਰਾਂ। ਕਿਵੇਂ ਦਾ ਲੱਗਦਾ ਸਿੰਘ ਸਾਹਿਬ ਅੱਜ ਦਾ ਜੋ ਦਿਨ, ਅੱਜ ਦਾ ਜੋ ਦਿਹਾੜਾ ਹੈਗਾ? ਚੜ੍ਹਦੀ ਕਲਾ ਰਹੇਗੀ ਸਦਾ ਹੀ, ਸਦਾ ਹੀ ਚੜ੍ਹਦੀ ਕਲਾ। ਉਹਨਾਂ ਦੀ ਖੇਡ ਸਾਰੀ ਅੱਜ ਹੋ ਰਿਹਾ, ਉਹਨਾਂ ਦੀ ਬਦੌਲਤ ਹੋ ਰਿਹਾ, ਹੋਰ ਨਹੀਂ। ਰਹੇਗੀ ਵੀ ਇਸ ਨਹੀਂ, ਇੱਦਾਂ ਨਹੀਂ ਦੀ ਦੁਨੀਆ ਤੱਕ ਰਹੇਗੀ। ਜਦੋਂ ਧਰਤੀ ਸਮਾਨ ਰਹੇਗਾ ਉਹਨਾਂ 'ਚ ਰਹੇਗੀ। ਤਾਂ ਇਹ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੇ ਸਾਕੇ ਹੋਏ ਨੇ ਇੱਥੇ। ਦੇਖ ਸਕਦੇ ਹੋ, ਇਹ ਤਸਵੀਰ ਦਿਖਾ। ਇਹ ਜਿਹੜੇ ਕਹਿੰਦੇ ਨੇ ਕਿ ਸ਼ਾਸਤਰਾਂ ਨਾਲ ਕਿਉਂ ਪਿਆਰ ਕਰਦੇ ਆ, ਇਹ ਪੰਜਾਬ ਦੇ ਖੂਨ ਦੇ ਵਿੱਚ ਆ, ਪੰਜਾਬ ਦੇ ਜਹਨ ਦੇ ਵਿੱਚ ਆ। ਇਹ ਤਸਵੀਰ ਹੀ ਅਜਿਹੀ ਆ ਕਿ ਜਿਹੜੀ ਸ਼ਾਸਤਰਾਂ ਦੇ ਵਿੱਚੋਂ ਜੰਮੀ ਆ ਤੇ ਸ਼ਾਸਤਰਾਂ ਦੇ ਵਿੱਚ ਹੀ ਅਲੋਪ ਹੋ ਜਾਣਾ ਇਸ ਤਸਵੀਰ ਨੇ। ਅਸੀਂ ਤੁਹਾਡੇ ਨਾਲ ਇਸੇ ਕਰਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਥੋੜਾ ਸਾਨੂੰ ਦਿਖਾ ਦਿਓਗੇ, ਅਸੀਂ ਕਵਰ ਕਰ ਲਈਏ।
ਥੋੜਾ ਜਿਹਾ ਅਸੀਂ ਕਰ ਲਈਏ ਕਵਰ ਬਾਬਾ, ਪਿੱਛੇ ਨੂੰ ਹੀ ਮਾੜਾ ਜਿਹਾ। ਇਹ ਆ ਜੌਰ ਗੱਤਕੇ ਦੇ। ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿ ਇੱਥੇ ਗੱਤਕੇ ਵਾਲੇ ਪਹੁੰਚੇ ਹੋਏ ਨੇ। ਇਹ ਸਿੰਘ ਸਾਹਿਬ ਨੇ, ਇਹ ਢੋਲ ਦੇ ਡਗੇ ਦੇ ਉੱਤੇ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ, ਤੁਸੀਂ ਦੇਖ ਸਕਦੇ ਹੋ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਇਕੱਲੀ ਜਿਹੜੀ ਕਿ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਪਹੁੰਚਦੀ ਕੀਤੀ ਜਾਵੇ ਤੁਹਾਡੇ ਤੱਕ। ਪਿੱਛੇ ਵਾਲਿਆਂ ਦਾ ਦਿਖਾ ਦੇ ਸ਼ਾਟ। ਅਸੀਂ ਅੱਜ ਸਾਰਾ ਕਵਰ ਕਰਕੇ ਹੁੰਦਾ ਉਹ ਹੱਥ ਵਿੱਚ ਉਹਦੇ ਹਥਿਆਰ ਹੁੰਦਾ, ਉਹ ਰੋਡੇ ਪੋਡੇ ਦਿਖਦੇ ਨਾ, ਹਰ ਮੋੜ ਗੜੀ ਖੜਾ ਸਰਦਾਰ ਹੁੰਦਾ। ਉਹ ਕਿਹੜਾ ਲਾਉਂਦਾ ਸਾਡੇ ਸਤਿਗੁਰੂ ਬਾਬਾ ਕਲਗੀ, ਉਹਦੀ ਹਿੱਕ ਦੇ ਸਿੰਘਾਂ ਦਾ ਵਾਰ ਹੁੰਦਾ। ਬੋਲੇ ਸੋਨਿਆ ਖੁਸ਼ੀਆਂ ਜਗਾਰੇ ਬੁਲਾਵੇ ਧੰਨ ਧੰਨ ਬਾਬਾ ਜੋਰਾਵਰ, ਧੰਨ ਧੰਨ ਬਾਬਾ ਫਤਿਹ ਸਿੰਘ, ਮਾਤਾ ਗੁਜਰ ਜੋ ਕੌਰ ਦੇ ਮਨ ਨੂੰ ਭਾਵੇ ਖੁਸ਼ੀਆਂ ਜਾਏ। ਸਤਿ ਸ੍ਰੀ ਅਕਾਲ। ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ, ਕੇਸਾਂ ਦੀ ਬੇਅਦਬੀ ਕਰਨ ਵਾਲਾ ਸਿਰ ਗੁੰਮ ਕਿਹਾ ਜਾਂਦਾ ਹੈ। ਇਹ ਜਿਹੜੇ ਸਲੋਗਨ ਨੇ, ਇੱਕ ਵਾਰ ਇਹ ਸਾਰੇ ਇਕੱਲਾ ਸਲੋਗਨ ਸੰਗਤ ਦੇ ਤੱਕ ਪਹੁੰਚਣਾ ਚਾਹੀਦਾ। ਤੁਸੀਂ ਭਾਈ ਸਾਹਿਬ ਗਾਂ ਨੂੰ ਆ ਜਾਓ, ਥੋੜਾ ਜਿਹਾ ਅੱਗੇ ਨੂੰ ਆ ਜਾਓ। ਇਹਦੇ ਤੇ ਵੀ ਇਹ ਦੇਖੋ, ਇਹ ਸਲੋਗਨਾਂ ਦੇ ਉੱਪਰ ਬਹੁਤ ਕੁਝ ਲਿਖਿਆ ਹੋਇਆ। ਇਹ ਸਾਡੀ ਗੁਰਬਾਣੀ ਵੀ ਕਹਿੰਦੀ ਆ, ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮੋ ਕੁਸ਼ਤੀ ਹੋ ਮਰੇ। ਤਾਂ ਇਹ ਤਸਵੀਰਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆਈ ਵਾਰ ਤੁਸੀਂ ਲੈ ਕੇ ਚੱਲਦੇ ਹੁੰਦੇ ਹੋ, ਆਈ ਵਾਰ ਸੰਗਤ ਨੂੰ ਜਾਗਰੂਕ ਕਰਦੇ ਹੋ। ਦੇਖਦੇ ਆ, ਇੱਥੇ ਪੜ੍ਹਦੇ ਰਹੇ ਆ ਮਾਤਾ ਗੁਜਰੀ ਕਾਲਜ ਦੇ ਵਿੱਚ, ਇੱਥੇ ਦਰਸ਼ਨ ਦਿਦਾਰੇ ਵੀ ਹੁੰਦੇ ਰਹੇ ਨੇ। ਇਹ ਕਿੰਨੇ ਕੁ ਜਿਹੜਾ ਕਿ ਫਰਕ ਪੈ ਜਾਂਦਾ ਗਾ ਲੋਕਾਂ ਦੇ ਉੱਪਰ ਜਾਂ ਸੰਗਤ ਦੇ ਉੱਪਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆਏ ਵਾਰੀ ਸਾਡੇ ਨਾਲ ਜਿੰਨੇ ਸਿੰਘ ਆਉਂਦੇ ਆ ਜੀ, ਉਹਦੇ ਵਿੱਚ ਘੱਟੋ ਘੱਟ 8 ਤੋਂ 10 ਸਿੰਘ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਅਸੀਂ ਹਰ ਵਾਰੀ ਕੇਸਾਧਾਰੀ ਕਰਕੇ ਸੈਂਟਰ ਦੇ ਉੱਤੇ ਦਸਤਾਰ ਸਜਾ ਕੇ ਉਹਨਾਂ ਨਾਲ ਪ੍ਰਣ ਕੀਤਾ ਜਾਂਦਾ ਵੀ ਕੇਸਾਧਾਰੀ ਹੋਣਗੇ, ਦਸਤਾਰ ਵੀ ਦਿੱਤੀ ਜਾਂਦੀ, ਉਹਨਾਂ ਨੂੰ ਉਸ ਮਾਹੌਲ ਦੇ ਵਿੱਚ ਗੁਰਬਾਣੀ ਨਾਲ ਜੋੜਿਆ ਜਾਂਦਾ ਜੀ। ਤੇ ਆਏ ਵਾਰੀ ਸਾਡੇ ਨਾਲ 8-10 ਤੋਂ ਸਿੰਘ, ਮਤਲਬ ਕਿ ਜਿਹੜੇ ਨਵੇਂ ਸਿੰਘ ਸਜੇ ਹੁੰਦੇ ਆਉਂਦੇ ਆ, ਸਾਡੇ ਲਈ ਪੂਰਾ ਪ੍ਰਭਾਵ ਹੈ ਜੀ। ਇੱਥੇ ਸੰਗਤ ਦੇ ਨਾਲ ਜਿੱਦਾਂ ਵਿੱਚ ਵਿਚਰਦੇ ਆ, ਉਹਨਾਂ ਤੋਂ ਪਤਾ ਲੱਗਦਾ, ਵਿੱਚ ਰਿਸਪੌਂਸ ਮਿਲਦਾ ਵੀ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜੀ। ਸਾਡੇ ਆਪ ਦੇ ਸ਼ਹਿਰ ਦੇ ਵਿੱਚ ਜਿੱਥੇ ਸਾਡੀ ਫੈਡਰੇਸ਼ਨ ਮਤਲਬ ਕੰਮ ਕਰਦੀ, ਇਹ ਉੱਥੋਂ ਸਾਡੇ ਕੋਲੇ ਸਿੰਘ ਦਸਤਾਰ ਸੈਂਟਰ ਤੇ ਨਵੇਂ ਤੋਂ ਨਵੇਂ ਆਉਂਦੇ ਦਸਤਾਰਧਾਰੀ ਹੁੰਦੇ ਆ। ਤੇ ਮਹਾਰਾਜ ਦੀ ਬੜੀ ਕਿਰਪਾ ਵੀ ਸਾਡੀ ਜਿਹੜੀ ਇਹ ਸਫਲ ਹੁੰਦੀ ਹੈ ਕਿਰਤ ਕੀਤੀ ਜੀ। ਹਾਂਜੀ, ਇੱਥੇ ਹੋਰ ਕੀ ਦੇਖਣ ਨੂੰ ਮਿਲਦਾ ਜਦੋਂ ਆਉਣੇ ਹੋ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਿ ਸਿਰ ਫਿਰੇ ਵੀ ਮਿਲ ਜਾਂਦੇ ਨੇ ਕਈ ਵਾਰ। ਉਹਨਾਂ ਤੇ ਬਾਬਾ ਜੀ ਇੱਕ ਗੱਲ ਦੀ ਬੜੀ ਖੁਸ਼ੀ ਆ, ਮਹਾਰਾਜ ਦੀ ਕਿਰਪਾ। ਦੇਖੋ ਅਨੰਦਪੁਰ ਸਾਹਿਬ ਜੋ ਭਾਣਾ ਸਿੰਘ ਨਾਲ ਵਾਪਰਿਆ ਹੈ ਨਾ ਜੀ, ਉਹਨਾਂ ਨੇ ਸ਼ਹੀਦੀ ਹੋ ਗਈ। ਇਸੇ ਗੱਲ ਨੂੰ ਰੋਕਣ, ਹੱਲੇ ਗੁੱਲੇ ਨੂੰ ਰੋਕਣ ਦੇ ਲਈ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਸੀਗਾ, ਤੇ ਉਹਨਾਂ ਨੂੰ ਆਪਦੀ ਚਲੋ ਜਵਾਨ ਗਵਾਉਣੀ ਪਈ ਉਹ ਕੌਮ ਦੇ ਲਈ, ਪਰ ਬੜਾ ਕੰਮ ਹੀ ਇੱਥੇ ਐਤਕੀ ਇਹ ਗੱਲ ਵੇਖੀ, ਐਤਕੀ ਜਿਹੜੀ ਇਹ ਰੋਕ ਟੋਕ ਹੈ ਸ਼ੋਰ ਸ਼ਰਾਬੇ ਦਾ ਬੜਾ ਫਰਕ ਹੈ ਜੀ। ਇਹ ਚੀਜ਼ ਹੋਣੀ ਨਹੀਂ ਚਾਹੀਦੀ। ਦੇਖੋ ਕਿਤੇ ਕੋਈ ਪ੍ਰਚਾਰ ਵੀ ਚੱਲ ਰਿਹਾ ਹੁੰਦਾ ਹੈ, ਕਿਤੇ ਕੋਈ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਜਾਂ ਕੋਈ ਆਪਦੇ ਹੈ ਨਾ ਇਤਿਹਾਸ ਦੱਸ ਰਿਹਾ, ਇੰਨੇ ਸ਼ੋਰ ਸ਼ਰਾਬੇ, ਟਰੈਕਟਰ ਨਾਲ ਬੇਸਾਂ ਰੇਸਾਂ, ਇਹ ਸਾਰਾ ਚੀਜ਼ਾਂ ਬਈ ਇੱਥੋਂ ਦਾ ਮਾਹੌਲ ਖਰਾਬ ਕਰ ਦਿੰਦੀਆਂ ਜੀ। ਤੇ ਇਹ ਚੀਜ਼ ਚਾਹੀਦੀਆਂ ਸਿੰਘਾਂ ਨੂੰ, ਕਹਿੰਦਾ ਵੀ ਇਹ ਧੱਕਾ ਕਰਦੇ ਸਾਡੇ ਨਾਲ, ਕੁੱਟਮਾਰ ਕਰਦੇ ਜਾਂ ਕੁਛ ਕਰਦੇ, ਇਹ ਚੀਜ਼ ਨਹੀਂ, ਕਿਸੇ ਦਾ ਮਨ ਨਹੀਂ ਕਰਦਾ। ਇੱਥੋਂ ਦਾ ਜੇ ਮਾਹੌਲ ਹੀ ਇੱਦਾਂ ਦਾ ਬਣਿਆ ਹੋਵੇ, ਸਾਰਿਆਂ ਦੇ ਮਨ ਦੇ ਅੰਦਰੋਂ ਉਹ ਗੱਲ ਜਾਗਦੀ ਹੋਵੇ, ਸਾਹਿਬਜ਼ਾਦਿਆਂ ਨਾਲ ਪ੍ਰੇਮ ਹੋਵੇ ਨਾ, ਲੱਗੀ ਹੋਵੇ ਗੱਲ ਨੂੰ, ਤੇ ਸਾਨੂੰ ਨਹੀਂ ਲੋੜ ਮੈਨੂੰ ਲੱਗਦਾ ਵੀ ਕਿਸੇ ਨੂੰ ਰੋਕਣ ਟੋਕਣ ਦੀ। ਸਾਰੇ ਇਹ ਮਨ ਦੇ ਵਿੱਚ ਮਨਚਾ ਲੈ ਕੇ ਆਉਂਦੇ ਲੋਕੀ। ਇਹ ਅੱਧੇ ਤਾਂ ਇਹੀ ਆਉਂਦੇ, ਉਹਨਾਂ ਨੂੰ ਕਹਿਣਗੇ ਅਸੀਂ ਮੇਲੇ ਤੇ ਚੱਲੇ, ਮੇਲਾ ਨਹੀਂ ਗਏ, ਸਭਾ ਹੈ ਜੀ ਇਹ ਜੋੜ ਮੇਲਾ। ਉਹਨਾਂ ਦੀ ਯਾਦ ਵਿੱਚ ਬਹਿ ਕੇ ਜੁੜਨਾ,
ਉਹਨਾਂ ਬਾਰੇ ਗੱਲਬਾਤ ਕਰਨੀ, ਉਹਨਾਂ ਦੀ ਜਿਹੜੀ ਉਹਨਾਂ ਦੇ ਚਾਨਣਾ ਪਾਉਣੀ ਉਸ ਇਤਿਹਾਸ ਨੂੰ ਸਾਡੇ ਅੰਦਰ ਤੱਕ ਹਨਾ ਜਿਹੜਾ ਪਹੁੰਚਦੀ ਆ, ਤੇ ਉਹ ਪ੍ਰਚਾਰ ਦੇ ਲਈ ਅਸੀਂ ਇੱਥੇ ਆਉਂਦੇ ਹਾਂ, ਨਾ ਕਿ ਜੋੜ ਮੇਲੇ ਤੋਂ। ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮੋਂ ਕੁਸ਼ਤੀ ਹੋਏ ਮਰੇ। ਗੁਰਬਾਣੀ ਦੀਆਂ ਤੁਕਾਂ ਕਹਿੰਦੀਆਂ ਨੇ, ਅਸੀਂ ਆਪਦੇ ਕੋਲੋਂ ਨਹੀਂ ਕਹਿ ਰਹੇ, ਪਰ ਫਿਰ ਵੀ ਉਹਨਾਂ ਤੱਕ ਇਹ ਆਵਾਜ਼ਾਂ ਜਿਹੜੀਆਂ ਗੱਲਾਂ ਪਹੁੰਚਦੀਆਂ ਨੇ, ਪਰ ਉਹ ਕਹਿੰਦੇ ਨੇ ਇਹ ਉਸ ਟੋਪੀ ਦੀ ਗੱਲ ਨਹੀਂ ਕਰੀ ਜਿਹੜੀ ਅੱਜ ਕੱਲ੍ਹ ਲਈ ਫਿਰਦੇ ਆ। ਦੇਖੋ ਜੀ, ਟੋਪੀ ਤਾਂ ਟੋਪੀ ਹੈ, ਜਿਹਨੂੰ ਨਾ ਹੀ ਟੋਪੀ ਦਿੱਤਾ ਗਿਆ ਉਹ ਤਾਂ ਭਾਵੇਂ ਤੁਸੀਂ ਹੁਣ ਵਾਲੇ ਜ਼ਮਾਨੇ ਦੀ ਲੈ ਲਓ, ਭਾਵੇਂ ਜਿਹੜੇ ਡਿਊਟੀ ਨਿਭਾ ਰਹੇ ਤੇ ਉਹ ਤੋਂ ਅਲੱਗ ਤੋਂ ਇਲਾਵਾ ਜੀ ਯੂਨੀਵਰਸਿਟੀ ਦੇ ਜਿੰਨੇ ਵੀ ਸਟੂਡੈਂਟ ਆ ਸਕੇ ਸੀ 200 ਤੋਂ 300 ਹੋਣਗੇ ਅਸੀਂ ਤਕਰੀਬਨ ਸਾਰੇ ਜੀ, ਤੇ ਗੱਤਕੇ ਦੀ ਟੀਮ ਹੈ ਵਿੱਚ ਜੀ। ਹਾਂਜੀ ਹਾਂਜੀ। ਜਦੋਂ ਸਭਾ ਦੇ ਦਿਨ ਆਉਂਦੇ ਨੇ, ਖਾਸ ਕਰਕੇ ਮੈਂ ਵੀ ਚਲੋ ਇੱਥੇ ਪੜ੍ਹਿਆ ਮਾਤਾ ਗੁਜਰੀ ਕਾਲਜ ਦੇ ਵਿੱਚ, ਜਦੋਂ ਸਭਾ ਦੇ ਦਿਨ ਆਉਂਦੇ ਨੇ ਉਦੋਂ ਸਟੂਡੈਂਟਾਂ ਨੂੰ ਇਹ ਹੋ ਜਾਂਦਾ ਵੀ ਹੁਣ ਸਭਾ ਆ ਗਈ ਆ, ਚਲੋ ਲੰਗਰ ਪਾਣੀ ਵੀ ਚੱਲਣਗੇ। ਇੱਥੇ ਹੁੱਲੜਬਾਜ਼ੀ ਵੀ ਕਈ ਕਰਦੇ ਮਿਲ ਜਾਂਦੇ ਨੇ, ਪਰ ਇਸ ਵਾਰ ਤਾਂ ਨਹੀਂ ਕੋਈ ਅਜਿਹਾ ਹੋਇਆ। ਦੇਖੋ ਜੀ, ਮੈਂ ਤਾਂ ਤਕਰੀਬਨ ਹੁਣ ਦੇਖਿਆ ਨਹੀਂ ਹੈਗਾ ਜੀ, ਕਿਉਂਕਿ ਮੈਂ ਤਾਂ ਇਸ ਹਿਸਾਬ 'ਚ ਹੈ ਨਹੀਂ ਸੀਗਾ ਜੀ, ਪਰ ਜਿਨ੍ਹਾਂ ਨੇ ਕਰਨਾ ਜੀ ਉਹ ਤੁਹਾਨੂੰ ਪਤਾ ਜੀ ਵੀ ਹਟ ਨਹੀਂ ਸਕਦੇ, ਠੀਕ ਹੈ ਨਾ। ਬਾਕੀ ਹਾਂ ਕੁਛ ਇਹ ਹੈ ਜਿਹੜੇ ਨਵੇਂ ਨੌਜਵਾਨ ਜਿਵੇਂ ਹੁਣ ਸਿਖਾਇਆ ਜਾਂਦਾ ਜੀ ਹੈ ਨਾ, ਤੇ ਹੁਣ ਨਵੀਂ ਪੀੜ੍ਹੀ ਨੂੰ ਤਾਂ ਇਸ ਵਾਰੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਜੀ। ਇਹ ਤੁਸੀਂ ਵੀ ਦੇਖਿਆ ਹੀ ਹੋ। ਕਿਹੜਾ ਤੁਹਾਡਾ ਏਰੀਆ? ਮੇਰਾ ਫਤਿਹਗੜ੍ਹ ਸਾਹਿਬ ਹੀ ਹੈ ਜੀ। ਫਤਿਹਗੜ੍ਹ ਸਾਹਿਬ ਜੀ। ਕੋਈ ਬਰਨਾਲੇ ਵਾਲੀ ਸਾਈਡ ਤੋਂ ਹੈਗਾ? ਮੇਰੇ ਵਾਲੇ ਏਰੀਏ ਤੋਂ ਬਈ ਜੀ ਪਿੱਛੇ ਨਗਰ ਕੀਰਤਨ ਆ ਰਿਹਾ, ਤੁਹਾਡੀ ਇਸ ਵਾਰ ਡਿਊਟੀ ਲੱਗਿਆ ਕਿ ਮਾਤਾ ਗੁਜਰੀ ਕਾਲਜ ਵਾਲਿਆਂ ਦੀ ਲੱਗਦੀ ਹੁੰਦੀ ਸੀ, ਹੈ ਨਾ। ਕਿਵੇਂ ਦਾ ਅੱਜ ਦਾ ਮਾਹੌਲ ਕੀ ਕਹਿੰਦਾ ਗਾ ਜੋ ਅੱਜ ਤੁਸੀਂ ਇੱਥੇ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋ, ਜਾਂ ਜਿਹੜੀ ਇਹ ਸਭਾ ਹੈਗੀ ਸ਼ਹੀਦੀ ਸਭਾ, ਇਸ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਬਦਲਾਅ ਦੇਖਣ ਨੂੰ ਮਿਲਿਆ, ਕਿੰਨਾ ਕੁ ਜਿਹੜਾ ਕਿ ਵੱਖਰਾ ਪਹਿਲਾਂ ਨੂੰ? ਬਾਈ ਜੀ ਪਹਿਲਾਂ ਨਾਲ ਤਾਂ ਬਹੁਤ ਬਦਲਾਅ ਦੇਖਿਆ, ਜਿਹੜੇ ਨੌਜਵਾਨ ਪੀੜ੍ਹੀ ਆ ਆਪਣੀ ਸਿੱਖੀ ਵੱਲ ਬਹੁਤ ਆ ਰਹੀ ਆ, ਤੇ ਆਪਣਾ ਗੁਰੂ ਸਾਹਿਬ ਦਾ ਬਹੁਤ ਹੋ ਰਿਹਾ, ਬਲਕਿ ਨੌਜਵਾਨ ਸਭਾ ਵੱਧ ਤੋਂ ਵੱਧ ਆਪਣਾ ਸਿੱਖੀ ਵੱਲ ਆਓ। ਤਾਂ ਇਹਨਾਂ ਦੀ ਅਪੀਲ ਆ, ਇਹ ਅਸੀਂ ਤਾਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਟੂਡੈਂਟ ਨੇ, ਸ਼੍ਰੀ ਫਤਿਹਗੜ੍ਹ ਸਾਹਿਬ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟ ਨੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਜਿਹੜੀਆਂ ਕਿ ਤਸਵੀਰਾਂ ਉਹ ਸਾਂਝੀਆਂ ਕੀਤੀਆਂ ਹਨ। ਖਾਸ ਕਰਕੇ ਸਟੂਡੈਂਟਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਅਸੀਂ ਖੁਦ ਇਸ ਜਗ੍ਹਾ ਤੋਂ, ਇਸ ਧਰਤੀ ਤੋਂ ਪੜ੍ਹ ਕੇ ਗਏ ਹਾਂ। ਇਸ ਧਰਤੀ ਨੇ ਜੋ ਵੀ ਦਿੱਤਾ ਅੱਜ ਤੁਹਾਡੇ ਸਾਹਮਣੇ ਆ। ਇਸ ਧਰਤੀ 'ਤੇ ਜਿੰਨੇ ਸਟੂਡੈਂਟ ਪੜ੍ਹਦੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਹੋ ਸਕੇ। ਸਾਡੀ ਗੁਰਬਾਣੀ ਦੀਆਂ ਤੁਕਾਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤਾਂ ਹਰ ਇੱਕ ਕੰਮ ਦੇ ਵਿੱਚ, ਹਰ ਇੱਕ ਜੇਕਰ ਦੇਖਿਆ ਜਾਵੇ ਤਾਂ ਹਰ ਇੱਕ ਪਾਸੇ ਬੀਬੀਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਮਾਤਾਵਾਂ ਦਾ, ਭੈਣਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਕਿ ਜਦੋਂ ਕਿਹਾ ਜਾਂਦਾ ਕਿ ਮਾਂ ਦੀ ਹੱਲਾਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਉਸੇ ਮਾਂ ਦੀ ਹੱਲਾਸ਼ੇਰੀ ਹੀ ਪੁੱਤ ਨੂੰ ਡਰਪੋਕ ਵੀ ਬਣਾ ਦਿੰਦੀ ਆ ਜੇਕਰ ਮਾਂ ਅਜਿਹੀਆਂ ਗੱਲਾਂ ਕਰਨ ਲੱਗ ਜੇ। ਤਾਂ ਇਹ ਤਸਵੀਰਾਂ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਾਤਾ ਸਾਹਿਬ ਕੌਰ, ਮਾਈ ਭਾਗੋ ਦੀਆਂ ਜਿਹੜੀਆਂ ਕਿ ਵਾਰਸਾਂ ਨੇ, ਉਹਨਾਂ ਦੀਆਂ ਜਿਹੜੇ ਕਿ ਦਰਸ਼ਨ ਆ ਉਹ ਵੀ ਅਸੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਕਿ ਉਹ ਵੀ ਸਾਹਮਣੇ ਆਊਗਾ। ਤਾਂ ਅਸੀਂ ਗੱਲ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਇੱਥੋਂ ਦੀ ਹੋ ਤੁਸੀਂ? ਉਰੋਂ ਦੀ ਰਹਿਣ ਵਾਲੇ ਹੋ? ਤਾਂ ਤੁਸੀਂ ਇਸੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚੋਂ ਹੀ? ਹਾਂਜੀ ਸਰ। ਮੈਮ ਕਿਵੇਂ ਦਾ ਜਿਹੜਾ ਕਿ ਮਾਹੌਲ ਆ ਜੋ ਇਹ ਦਿਖਾਈ ਦੇ ਰਿਹਾ? ਇਹ ਕਿਹਾ ਜਾਂਦਾ ਕਿ ਮਾਂ ਦੀ ਹੱਲਾਸ਼ੇਰੀ ਆ ਜਿਹੜੀ ਉਹ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਮਾਂ ਹੀ ਹੁੰਦੀ ਆ ਜਿਹੜੀ ਕਿ ਇਤਿਹਾਸ ਦੱਸ ਸਕਦੀ ਹੁੰਦੀ ਹੈ ਤੇ ਇਤਿਹਾਸ ਤੋਂ ਪਾਸੇ ਕਰ ਸਕਦੀ ਹੁੰਦੀ। ਤਾਂ ਠੀਕ ਹੈ ਸਰ, ਇੱਕ ਮਾਂ ਤਾਂ ਪਹਿਲੀ ਗੁਰੂ ਹੁੰਦੀ ਹੈ ਬੱਚੇ ਦੀ, ਸੋ ਇਹ ਕਹਿਣਾ ਸੱਚ ਹੈ ਕਿ ਮਾਂ ਬੱਚੇ ਦੀ ਪਹਿਲੀ ਗੁਰੂ, ਉਹ ਹੀ ਸਭ ਕੁਝ ਸਿਖਾਉਂਦੀ ਹੈ, ਤੇ ਉਹਦੇ ਨਕਸ਼ੇ ਕਦਮ ਤੇ ਜੇ ਬੱਚਾ ਚੱਲੇ ਤਾਂ ਸਕਸੈਸ ਹੋ ਸਕਦਾ। ਠੀਕ ਹੈ ਸਰ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮੈਮ ਜਦੋਂ ਯੂਨੀਵਰਸਿਟੀ ਦੇ ਵਿੱਚ ਜਵਾਕ ਆਉਂਦੇ ਨੇ, ਸਟੂਡੈਂਟ ਆਉਂਦੇ ਨੇ, ਤਾਂ ਅਕਸਰ ਗੱਲਾਂ ਚੱਲਦੀਆਂ ਹੋਣੀਆਂ ਇਸ ਧਰਤੀ ਦੀਆਂ, ਇਸ ਜਗ੍ਹਾ ਦੀਆਂ। ਹਾਂਜੀ ਸਰ, ਸਾਨੂੰ ਲੋਕੀ ਕਹਿੰਦੇ ਤੁਸੀਂ ਬੜੇ ਬੜੇ ਭਾਗੇ ਹੋ ਜਿਹੜੇ ਇਸ ਧਰਤੀ ਤੋਂ, ਸਭ ਤੋਂ ਮਹਿੰਗੀ ਧਰਤੀ ਗਿਣੀ ਜਾਂਦੀ ਹੈ, ਇੱਥੇ ਤੁਸੀਂ ਰਹਿ ਰਹੇ ਹੋ, ਤਾਂ ਅਸੀਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਹਾਂ। ਔਰ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਦੱਸਦੇ ਹਾਂ ਕਿ ਉਹ ਜਿਹੜੇ ਗੁਰੂਆਂ ਨੇ ਸਾਡੇ ਜਿਹੜੇ ਕਦਮਾਂ 'ਤੇ ਉਹ ਚੱਲੇ ਨੇ, ਉਹਨਾਂ 'ਤੇ ਸਾਡੇ ਬੱਚੇ ਚੱਲਣ ਤਾਂ ਅੱਗੇ ਜਾ ਕੇ ਸਕਸੈਸ ਹੋਣਗੇ। ਤੇ ਇਤਿਹਾਸ ਨੂੰ ਉਹਨਾਂ ਨੂੰ ਜਾਣੂ ਕਰਨਾ ਬਹੁਤ ਜ਼ਰੂਰੀ ਹੈ। ਇਤਿਹਾਸ ਨਾਲ ਜਾਣੂ ਹੋਣਗੇ ਤਾਂ ਹੀ ਉਹਨਾਂ ਦੇ ਗੁਰੂਆਂ ਦੇ ਨਕਸ਼ੇ ਕਦਮ 'ਤੇ ਚੱਲ ਸਕਣਗੇ। ਅਕਸਰ ਟੀਚਰਾਂ ਦੇ ਨਾਲ ਅਸੀਂ ਵੀ ਗੱਲਾਂ ਪੈ ਜਾਂਦੇ ਸੀ ਕਿ ਉਹ ਦਿਨ ਕਿਹੋ ਜਿਹੇ ਸੀ, ਉਹ ਦਿਨ, ਉਹ ਉਹਨਾਂ ਦੇ ਜਿਹੜੀਆਂ ਕਿ ਜ਼ਰੂਰਤਾਂ ਕਿੰਨੀਆਂ ਸੀਗੀਆਂ ਉਹ ਛੋਟੇ ਸਾਹਿਬਜ਼ਾਦਿਆਂ ਦੀਆਂ। ਤਾਂ ਜਦੋਂ ਉਹ ਗੱਲਾਂ ਕਰਦੇ ਸੀ ਤਾਂ ਮਨ ਭਰ ਆਉਂਦਾ ਸੀ, ਬਰਾਗ ਦੇ ਵਿੱਚ ਅੱਖਾਂ ਵੀ
ਨਮ ਹੋ ਜਾਂਦੀਆਂ ਸੀ। ਅਜਿਹਾ ਕਦੇ ਹੋਇਆ ਤੁਹਾਡੇ ਨਾਲ, ਜਿਵੇਂ ਤੁਸੀਂ ਕਈ ਵਾਰ ਸਟੂਡੈਂਟਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਗੱਲ ਕਰਦੇ ਹੋ? ਹਾਂਜੀ ਸਰ, ਉਹ ਫੀਲਿੰਗਸ ਅਸੀਂ ਆਪਣੇ ਆਪ ਦੇ ਅੰਦਰ ਮਹਿਸੂਸ ਕਰਦੇ ਹਾਂ। ਅਸੀਂ ਤਾਂ ਮਤਲਬ ਕਿਨਕਾਂ ਪਰ ਵੀ ਨਹੀਂ ਹੈ ਉਹਦੇ ਅੱਗੇ, ਜਿਹੜੀ ਗੁਰਬਾਨੀਆਂ ਉਹਨਾਂ ਨੇ ਕੀਤੀਆਂ ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਪਰ ਅਸੀਂ ਬੱਚਿਆਂ ਨੂੰ ਜ਼ਰੂਰ ਸਿੱਖਿਆ ਜ਼ਰੂਰ ਦਿੰਦੇ ਹਾਂ ਕਿ ਤੁਸੀਂ ਜੇ ਆਪਾਂ ਕੋਈ ਮਾਡਲ ਰੱਖਣੇ ਆ, ਰੋਲ ਰੱਖਣਾ ਕਿ ਆਪਾਂ ਉਹਦੇ ਨਜ਼ਦੀਕ ਪਹੁੰਚਣਾ, ਜੇ ਕੋਸ਼ਿਸ਼ ਕਰਾਂਗੇ ਤਾਂ ਥੋੜ੍ਹਾ ਜਿਹਾ ਤਾਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਆਪਾਂ ਕਰ ਹੀ ਸਕਦੇ ਹਾਂ। ਤੇ ਹੋ ਵੀ ਸਕਦਾ ਹੈ ਕਿ ਆਪਾਂ ਕਰੀਬ ਪਹੁੰਚੀਏ, ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਇੱਥੋਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਪਿੱਛੇ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਟੀਮ ਆ ਗੱਤਕੇ ਦੀ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਕੌਮ ਜਿਹੜੀ ਕਿ ਸ਼ਾਸਤਰਾਂ 'ਚੋਂ ਜੰਮੀ ਆ ਅਤੇ ਸ਼ਾਸਤਰਾਂ 'ਚ ਹੀ ਇਹਨੇ ਮਰ ਮਿਟ ਜਾਣਾ। ਤਾਂ ਇਹ ਸ਼ਾਸਤਰ ਨੇ, ਕੋਸ਼ਿਸ਼ ਕਰਾਂਗੇ ਜਾਣਨ ਦੀ ਇਹਨਾਂ ਸ਼ਾਸਤਰਾਂ ਦੇ ਬਾਰੇ, ਇਹਨਾਂ ਨੂੰ ਕੀ ਕੀ ਕਿਹਾ ਜਾਂਦਾ ਹੈ ਸ਼ਾਸਤਰਾਂ ਦੀ ਜੋ ਇੱਥੇ ਹੈ। ਇਸ ਭਾਜੀ ਸ਼ਸਤਰ ਸਿੰਪਲ ਮੈਨੂੰ ਇਦਾਂ ਤੇ ਪਤਾ ਵਾ ਕਿ ਕਿਰਪਾਨ ਮੇਰੇ ਉਸਤਾਦ ਜੀ ਉਹਨਾਂ ਨੂੰ ਸਾਰਾ ਪਤਾ ਵਾ। ਇਹਨਾਂ ਸ਼ਸਤਰਾਂ ਦੇ ਨਾਮ ਬਹੁਤ ਗੁੱਝੇ ਆ। ਕਿੱਥੇ ਨੇ ਉਸਤਾਦ ਜੀ ਤੁਹਾਡੇ? ਉਸਤਾਦ ਜੀ ਲਾਗੇ ਨਾਲ ਹੀ ਆ ਜੀ। ਬੁਲਾ ਲਿਓ ਥੋੜਾ ਜਿਹਾ, ਆਪਾਂ ਕਰ ਲਈਏ ਗੱਲਬਾਤ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਾਸਤਰਾਂ ਦੇ ਬਾਰੇ ਬਹੁਤ ਕੁਝ ਜਿਹੜਾ ਕਿ ਸਾਹਮਣੇ ਆਉਂਦਾ ਰਿਹਾ। ਇਹਨਾਂ ਸ਼ਾਸਤਰਾਂ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਨੇਜ਼ਾ, ਕਿਰਪਾਨ, ਜਿਹੜੇ ਕਿ ਆਮ ਲੋਕਾਂ ਨੂੰ ਬਹੁਤ ਥੋੜੇ ਸ਼ਾਸਤਰਾਂ ਦਾ ਪਤਾ ਹੁੰਦਾ, ਪਰ ਇੱਥੇ ਤਾਂ ਬਹੁਤ ਜ਼ਿਆਦਾ ਪਏ ਨੇ। ਮੈਡਮ ਸ਼ਾਸਤਰਾਂ ਬਾਰੇ ਦੱਸ ਦਿਓ ਸਾਰਾ, ਆਪਣੇ ਕਿਹੜੇ ਕਿਹੜੇ ਸ਼ਾਸਤਰ ਨੇ? ਹਾਂਜੀ, ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕੀਆਂ ਜਿੰਦਾ ਵੱਡੇ ਛਾਕੇ ਜੋ ਇਹਦੇ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ। ਇਹ ਜੋ ਤੁਸੀਂ ਟੀਮ ਦੇਖ ਰਹੇ ਹੋ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਜੋ ਅਧੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਆਉਂਦੀ ਹੈ, ਉੱਥੇ ਦੇ ਸਾਰੇ ਵਿਦਿਆਰਥੀ ਹਨ। ਜਿੱਥੇ ਸਿੰਘ ਜ਼ੋਰ ਦਿਖਾ ਰਹੇ ਨੇ, ਉਹਦੇ ਸਿੰਘੜੀਆਂ ਵੀ ਜਿਹੜੇ ਸਾਡੀ ਸਿੱਖ ਮਾਰਸ਼ਲ ਆਰਟ ਗੱਤਕਾ ਹੈ ਉਹਦਾ ਜਿਹੜਾ ਕਰਤੱਵ ਦਿਖਾ ਰਹੇ ਨੇ। ਤੇ ਸ਼ਸਤਰਾਂ ਦੀ ਤੁਸੀਂ ਗੱਲ ਕੀਤੀ, ਇਹਦੇ ਵਿੱਚ ਸ਼ਸਤਰ ਜਿਹੜੇ ਹੈਗੇ ਨੇ ਉਹ ਅਲੱਗ-ਅਲੱਗ ਪ੍ਰਕਾਰ ਦੇ ਸ਼ਸਤਰ ਹੈਗੇ ਜਿਹੜੇ ਪੁਰਾਤਨ ਸਾਡੇ ਸ਼ਸਤਰ ਹੁੰਦੇ ਸੀ। ਜਿੱਦਾਂ ਮੈਂ ਸ਼ਸਤਰਾਂ ਦੇ ਇੱਕ ਸਵਈਏ ਦੀ ਗੱਲ ਕਰਾਂ, ਅਸਕਰ, ਬਾਣ, ਖੰਡੋ, ਖੜਕ, ਤੁਬਕ, ਤਬਰ, ਤੀਰ, ਸਹਿਬ, ਸਰੋਈ, ਸੈਤੀ, ਇਹ ਹਮਾਰੇ ਪੀਰ। ਗੁਰੂ ਸਾਹਿਬ ਨੇ ਇਹਨਾਂ ਨੂੰ ਪੀਰ ਦਾ ਦਰਜਾ ਦਿੱਤਾ ਹੈਗਾ। ਸੋ ਜਿੱਥੇ ਗੁਰੂ ਸਾਹਿਬ ਨੇ ਭਗਤੀ ਦੀ ਗੱਲ ਕੀਤੀ ਹੈ, ਉੱਥੇ ਸ਼ਕਤੀ ਦੀ ਵੀ ਗੱਲ ਕੀਤੀ ਹੈ। ਮੀਰੀ ਤੇ ਪੀਰੀ ਤਲਵਾਰਾਂ ਦਾ ਵੀ ਜਿਹੜਾ ਹੈਗਾ ਅਰਥ ਇਹੀ ਸੀ ਵੀ ਜਿੱਥੇ ਸਿੱਖਾਂ ਨੇ ਨਾਮ ਬਾਣੀ ਕਰਨੀ ਹੈ ਤਾਂ ਉੱਥੇ ਇਸ ਦੇ ਨਾਲ ਜਿਹੜਾ ਹੈਗਾ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਬਿਲਕੁਲ। ਜਿਵੇਂ ਸ਼ਾਸਤਰਾਂ ਦੇ ਉੱਪਰ ਅਕਸਰ ਸਵਾਲ ਉੱਠਦੇ ਨੇ ਕਿ ਇਹ ਸ਼ਾਸਤਰਾਂ ਦੀ ਪ੍ਰਦਰਸ਼ਨੀ ਕਰਦੇ ਨੇ, ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਅਜਿਹੇ ਟਵੀਟ ਵੀ ਆਉਂਦੇ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਜਿਹੜੇ ਅਜਿਹੇ ਬਿਆਨ ਦੇ ਦਿੰਦੇ ਨੇ ਜਾਂ ਅਜਿਹਾ ਕੁਝ ਬੋਲ ਜਾਂਦੇ ਨੇ? ਦੇਖੋ ਜੀ, ਜੇਕਰ ਤੁਸੀਂ ਕੋਈ ਕੰਮ ਕਰੋਗੇ ਤਾਂ ਤੁਹਾਡੇ ਵਿਰੋਧੀ ਤਾਂ ਹੋਣਗੇ, ਕੋਈ ਵੀ ਫੀਲਡ ਹੈ, ਠੀਕ ਹੈ ਜੀ। ਇਸ ਕਰਕੇ ਸਿੱਖ ਕੌਮ ਦੇ ਜਿਹੜਾ ਹੈਗਾ ਵਿਰੋਧ ਸ਼ੁਰੂ ਤੋਂ ਹੁੰਦਾ ਹੈ, ਕੋਈ ਨਵੀਂ ਗੱਲ ਨਹੀਂ ਹੈਗੀ, ਠੀਕ ਹੈ। ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਇਹ ਸੰਕਲਪ ਬਖਸ਼ਿਆ ਹੈਗਾ ਵੀ ਜਿੱਥੇ ਅਸੀਂ ਬਾਣੀ ਪੜ੍ਹਨੀ ਹੈ, ਬਾਣੀ ਦੇ ਨਾਲ ਜਿਹੜੀ ਹੈਗੀ ਆ ਅਸੀਂ ਸ਼ਸਤਰ ਵਿਦਿਆ ਵੀ ਜਿਹੜੀ ਹੈਗੀ ਨਾਲ ਲਿਖਣੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੁਕਮ ਹੈ ਵੀ ਸ਼ਸਤਰ ਵਿਦਿਆ, ਕਿਉਂਕਿ ਸਿੱਖ ਧਰਮ ਦੇ ਵਿੱਚ ਜੇ ਦੇਖੀਏ ਤਾਂ 6ਵੇਂ ਪਾਤਸ਼ਾਹ ਤੋਂ ਸ਼ਸਤਰ ਵਿਦਿਆ ਦੀ ਸ਼ੁਰੂਆਤ ਹੋਈ ਹੈ। ਕਿਉਂਕਿ ਉਹਨਾਂ ਨੂੰ 2 ਤਲਵਾਰਾਂ ਜੋ ਧਾਰਨ ਕਰਾਈਆਂ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀਆਂ, ਠੀਕ ਹੈ। ਕਿਉਂਕਿ ਵਿਰੋਧੀ ਤਾਂ ਦੇਖੋ ਅਕਸਰ ਕੋਈ ਵੀ ਕੰਮ ਕਰਦੇ ਉੱਥੇ ਵਿਰੋਧ ਤਾਂ ਹੁੰਦਾ ਹੀ ਹੈ, ਪਰ ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਹੈਗੇ, ਠੀਕ ਹੈ। ਸਾਡਾ ਜੋ ਗੁਰੂ ਸਾਹਿਬ ਦਾ ਸੰਕਲਪ ਹੈ ਇਸ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ, ਇਹ ਚੱਲਦਾ ਰਹੇਗਾ ਤੇ ਅੱਗੇ ਵੀ ਚੱਲ ਰਿਹਾ ਹੈ, ਆਉਣ ਵਾਲੇ ਟਾਈਮ 'ਚ ਵੀ ਚੱਲਦਾ ਰਹੇਗਾ ਜੀ ਇਹ। ਜੀ ਬਿਲਕੁਲ ਜੀ। ਤਾਂ ਬਹੁਤ ਬਹੁਤ ਧੰਨਵਾਦ। ਅਸੀਂ ਇੱਧਰਲੇ ਪਾਸੇ ਚੱਲਦੇ ਹਾਂ। ਕਿੰਨੀ ਕੁ ਮੁਸ਼ਕਿਲ ਆ ਰਹੀ ਆ ਸੰਗਤ ਨੂੰ ਕੰਟਰੋਲ ਕਰਨ ਦੇ ਵਿੱਚ? ਸਰ ਬਹੁਤ ਆ ਰਹੀ ਹੈ, ਕਈ ਤਾਂ ਸੁਣਦੇ ਵੀ ਨਹੀਂ ਹੈਗੇ, ਜਿੱਦਾਂ ਅਸੀਂ ਕਈ ਜਾਣੇ ਕਿ ਪਿੱਛੇ ਹੋ ਜਾ ਹੁੰਦੇ ਹੀ ਨਹੀਂ ਹੈਗੇ ਸਰ, ਬਹੁਤ ਜ਼ਿਆਦਾ ਆ ਰਹੀ ਹੈ। ਕਿਹੜੇ ਥਾਂ ਤੋਂ ਦੱਸੋ? ਸਰ ਮੈਂ ਤਾਂ ਵੈਸੇ ਫਤਿਹਗੜ੍ਹ ਸਾਹਿਬ ਤੋਂ ਹੀ ਆ ਲੋਕਲ, ਬਟ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟਸ ਹਾਂ। ਤੇ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੇ ਸਟੂਡੈਂਟਾਂ ਨਾਲ ਗੱਲ ਕਰੀ ਜਾਵੇ। ਅਸੀਂ ਵੀ ਸਟੂਡੈਂਟ ਰਹੇ ਹਾਂ ਇੱਥੋਂ ਦੇ ਕਦੇ। ਅੱਛਾ ਜੀ, ਹਾਂਜੀ ਸਰ, ਅਸੀਂ ਬਹੁਤ ਜ਼ਿਆਦਾ ਸਾਡੀ ਸਰ ਲੱਗੀ ਹੋਈ ਹੈ, ਅਸੀਂ ਕੈਂਪ ਲੱਗਿਆ ਹੋਇਆ 7 ਦਿਨ ਦਾ ਹੀ ਲੱਗਿਆ ਹੋਇਆ ਸਰ ਅਸੀਂ, ਤੇ ਸਰ ਅਸੀਂ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਹੁਣ ਦਿੱਕਤਾਂ ਆਉਂਦੀਆਂ ਨੇ, ਕੈਂਪਾਂ ਕੁੰਪਾਂ 'ਚ ਘਰ ਦੇ ਮਨਾ ਕਰ ਦਿੰਦੇ ਨੇ ਵੀ ਨਹੀਂ ਜਾਣਾ ਹੈਗਾ, ਕਦੇ ਕੋਈ ਅਜਿਹੀ ਮੁਸ਼ਕਲ ਤਾਂ ਨਹੀਂ ਆਈ ਤੁਹਾਨੂੰ? ਨਹੀਂ ਸਰ, ਮੈਨੂੰ ਨਹੀਂ ਆਈ, ਕਿਉਂਕਿ ਸਰ ਮੈਂ ਇੱਥੇ ਦੀ ਆ, ਫਤਿਹਗੜ੍ਹ ਸਾਹਿਬ ਦੀ ਹਾਂ, ਤੇ ਮੇਰੇ ਘਰਦਿਆਂ ਨੂੰ ਪਤਾ ਹੈ ਕਿ ਇੱਥੇ ਦਾ, ਉਹਨਾਂ ਨੂੰ ਸਾਰਾ ਪਤਾ ਹੈ, ਜਿੱਦਾਂ ਛੋਟੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਨੂੰ ਸਭ ਕੁਝ ਪਤਾ ਹੈ, ਤੇ ਉਹਨਾਂ ਨੇ ਮੈਨੂੰ ਕੋਈ ਰੋਕ ਟੋਕ ਨਹੀਂ ਕੀਤੀ। ਜਿੱਦਾਂ ਅਸੀਂ ਸਵੇਰੇ ਸਾਨੂੰ ਖੁਦ ਛੱਡ ਕੇ ਜਾਂਦੇ ਨੇ, ਖੁਦ ਲੈ ਕੇ ਜਾਂਦੇ ਨੇ ਸਰ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਅਮਲੋਹ ਤੋਂ ਹਾਂ ਸਰ। ਅਸੀਂ ਕੀ ਕਹਿੰਦੇ ਨੇ ਉਰੇ ਡੇਲੀ ਅਪ ਡਾਊਨ ਕਰਦੇ ਹਾਂ, ਯੂਨੀਵਰਸਿਟੀ 'ਚ ਪੜ੍ਹਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ।
ਸਰ ਸਾਨੂੰ ਬਹੁਤ ਮਾਣ ਆ, ਅਸੀਂ ਸਿੱਧਾ ਹੀ ਧਰਤੀ ਦੇ ਉਰੇ ਪੜ੍ਹਦੇ ਹਾਂ। ਸਾਨੂੰ ਉਰੇ ਘਰ ਦੇ ਭੇਜਦੇ ਨੇ, ਸਾਨੂੰ ਸਾਡੇ ਘਰ ਦੇ ਕਹਿੰਦੇ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਕਈਆਂ ਨੂੰ ਅਲਾਓ ਨਹੀਂ ਕਰਦੇ ਗਰਲਜ਼ ਨੂੰ, ਤੇ ਉਰੇ ਹੋਸਟਲ ਪ੍ਰੋਵਾਈਡ ਕਰਦੇ ਨੇ ਜਦੋਂ ਕੈਂਪ ਲੱਗਦਾ ਆ, ਤੇ ਨਾਈਟ ਦੀ ਡਿਊਟੀ ਨਹੀਂ ਜੇ ਅਲਾਓ ਕਰਦੇ ਘਰ ਤਾਂ ਅਪ ਡਾਊਨ ਵੀ ਕਰ ਸਕਦੇ ਹਾਂ ਆਪਾਂ। ਤੇ ਸਾਨੂੰ ਸਾਡੇ ਪੇਰੈਂਟਸ ਕਹਿੰਦੇ ਨੇ ਸਾਨੂੰ ਆਪਾਂ ਸਿੱਧਾ ਹੀ ਧਰਤੀ ਦੇ ਨੇ, ਸਾਨੂੰ ਸ਼ਹਾਦਤ ਦੀ ਧਰਤੀ 'ਤੇ ਸੇਵਾ ਕਰਨੀ ਚਾਹੀਦੀ ਆ, ਤਾਂ ਹੀ ਭੇਜਦੇ ਨੇ ਸਾਨੂੰ। ਤੇ ਸਾਨੂੰ ਬਹੁਤ ਮਾਣ ਆ, ਅਸੀਂ ਹਿੱਸਾ ਬਣ ਰਹੇ ਹਾਂ ਇੱਥੇ ਸ਼ਹਾਦਤ ਦੀ ਧਰਤੀ ਦਾ। ਜੀ ਬਿਲਕੁਲ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਚੱਲ ਕੇ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਇਕੱਲੇ ਪੱਖ ਤੋਂ ਜਿਹੜੀ ਕਿ ਗੱਲ ਕਰਨੀ ਚਾਹਾਂਗੇ। ਤਾਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਸ ਦੇ ਉੱਪਰ ਸਲੋਗਨ ਲਿਖੇ ਗਏ ਨੇ, ਇਹਨਾਂ ਫੱਟਿਆਂ ਦੇ ਉੱਪਰ ਜੋ ਸਲੋਗਨ ਲਿਖੇ ਗਏ ਨੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਤਾਂ ਇਹ ਉਹਨਾਂ ਬੀਬੀਆਂ ਦੇ ਲਈ ਵੀ ਸਲੋਗਨ ਲਿਖੇ ਗਏ ਨੇ ਜਿਹੜੀਆਂ ਸੱਸਾਂ ਬਣ ਜਾਂਦੀਆਂ ਨੇ। ਸੱਸਾਂ ਬਣ ਕੇ ਫਿਰ ਨੂੰਹ ਨੂੰ ਕਹਿੰਦੀਆਂ ਨੇ ਕਿ ਮੁੰਡਾ ਹੋਣਾ ਚਾਹੀਦਾ, ਕੁੜੀ ਨਹੀਂ ਹੋਣੀ ਚਾਹੀਦੀ, ਤਾਂ ਜੋ ਉਹ ਇਹ ਗੱਲਾਂ ਦੇਖ ਲੈਣ ਕਿ ਇਹ ਨੌਜਵਾਨ ਕੁੜੀਆਂ ਇਸ ਧਰਤੀ ਤੇ ਨੇ ਜੋ ਇੱਥੇ ਸੇਵਾ ਕਰ ਰਹੀਆਂ ਨੇ। ਤਾਂ ਅਸੀਂ ਚੱਲਦੇ ਹਾਂ ਅੱਗੇ, ਪ੍ਰੋਫੈਸਰ ਸਾਹਿਬ ਖੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੀ ਜਗ੍ਹਾ ਤੇ ਪੜ੍ਹੇ ਆ, ਮਾਤਾ ਗੁਜਰੀ ਕਾਲਜ ਦੇ ਵਿੱਚ ਪੜ੍ਹ ਕੇ ਗਏ ਆ। ਅੱਜ ਬੜਾ ਵਧੀਆ ਲੱਗ ਰਿਹਾ ਕਿ ਸਟੂਡੈਂਟਾਂ ਨੂੰ ਅਸੀਂ ਪੁੱਛ ਰਹੇ ਹਾਂ ਕਿ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਇੱਥੇ ਸੇਵਾ ਕਰਕੇ, ਕੀ ਕੁਝ ਸਾਹਮਣੇ ਆ ਰਿਹਾ। ਤੁਸੀਂ ਆਈ ਵਾਰ ਇੱਥੇ ਦੇਖਦੇ ਹੋ ਸਰ, ਮਤਲਬ ਕਿੰਨੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨਾ ਕਿ ਜਿਹੜਾ ਕਿ ਕੌਮ ਜਾਂ ਸਟੂਡੈਂਟਾਂ ਨੂੰ ਜਾਂ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ, ਜਾਂ ਕਿੰਨਾ ਕੁ ਤੁਸੀਂ ਦੱਸਦੇ ਰਹਿੰਦੇ ਹੋ। ਦੇਖੋ, ਯੂਨੀਵਰਸਿਟੀ ਵੱਲੋਂ ਅਸੀਂ ਹਰ ਇੱਕ ਜਿਹੜੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਆ, ਗੁਰੂ ਸਾਹਿਬਾਨ ਦੇ ਸ਼ਹੀਦੀ ਪੁਰਬ ਆ, ਜਾਂ ਹੋਰ ਸਿੱਖੀ ਨਾਲ ਜਿਹੜੇ ਸੰਬੰਧਿਤ ਦਿਹਾੜੇ ਆ, ਅਸੀਂ ਯੂਨੀਵਰਸਿਟੀ ਵਿੱਚ ਹਰ ਵਾਰੀ ਲਗਾਤਾਰ ਮਨਾਉਂਦੇ ਆ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਇਤਿਹਾਸ ਨਾਲ ਜਾਣੂ ਕਰਾਈਏ। ਉਸ ਤੋਂ ਇਲਾਵਾ ਅਸੀਂ ਸਾਰੇ ਕੋਰਸਾਂ ਦੇ ਵਿੱਚ ਸਾਰੇ ਬੱਚਿਆਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਬਾਰੇ ਇੱਕ ਪੇਪਰ ਬੱਚਿਆਂ ਨੂੰ ਪਾਸ ਕਰਨਾ ਪੈਂਦਾ ਆ, ਔਰ ਸਾਰੇ ਬੱਚੇ ਕੰਪਲਸਰੀ ਪੇਪਰ ਪੜ੍ਹਦੇ ਆ। ਉਸ ਤੋਂ ਇਲਾਵਾ ਅਸੀਂ ਪੰਜਾਬੀ ਦਾ ਵਿਸ਼ਾ ਜਿਹੜਾ ਆ ਸਾਰੇ ਕਲਾਸਾਂ ਵਾਸਤੇ ਲਾਗੂ ਕੀਤਾ ਹੈ। ਹਰ ਇੱਕ ਸਮੈਸਟਰ ਦੇ ਵਿੱਚ ਬੱਚੇ ਪੰਜਾਬੀ ਦਾ ਵਿਸ਼ਾ ਪੜ੍ਹਦੇ ਆ, ਤੇ ਸਿੱਖ ਇਤਿਹਾਸ ਬਾਰੇ ਵੀ ਅਸੀਂ ਬੱਚਿਆਂ ਨੂੰ ਵੈਲਿਊ ਐਡਡ ਕੋਰਸਿਸ ਦੇ ਵਿੱਚ ਪੜ੍ਹਾਉਂਦੇ ਆ। ਤੇ ਉਸ ਤੋਂ ਇਲਾਵਾ ਅਸੀਂ ਇੱਕ ਗੱਤਕੇ ਦਾ ਡਿਪਲੋਮਾ ਸ਼ੁਰੂ ਕੀਤਾ ਹੈ ਯੂਨੀਵਰਸਿਟੀ ਦੇ ਵਿੱਚ, ਜਿਹਦੇ ਵਿੱਚ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਤੇ 30 ਸੀਟਾਂ ਦੇ ਨਾਲ ਇੱਕ ਸਾਡਾ ਕੋਰਸ ਬਹੁਤ ਸਫਲਤਾਪੂਰਵਕ ਚੱਲ ਰਿਹਾ ਆ। ਉਸ ਤੋਂ ਇਲਾਵਾ 100 ਅੰਮ੍ਰਿਤਧਾਰੀ ਬੱਚੀਆਂ ਜਿਹੜੀਆਂ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਆ, ਇਹਨਾਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਆ। ਯੂਨੀਵਰਸਿਟੀ ਦੀ ਫੀਸ, ਹੋਸਟਲ ਦੀ ਰਿਹਾਇਸ਼ ਤੇ ਹੋਸਟਲ ਦੇ ਖਾਣੇ ਦਾ ਕੋਈ ਖਰਚਾ ਨਹੀਂ ਲੈਂਦਾ ਬੱਚਿਆਂ ਤੋਂ, ਤੇ ਇਹਨਾਂ ਬੱਚਿਆਂ ਨੂੰ ਸਵੇਰ ਤੇ ਸ਼ਾਮ ਦਾ ਨਿਤਨੇਮ ਕਰਵਾਇਆ ਜਾਂਦਾ ਹੈ ਤਾਂ ਕਿ ਇਹ ਸਾਡੇ ਇੱਕ ਦੂਤ ਵਜੋਂ ਸੰਗਤ ਦੇ ਵਿੱਚ ਵਿਚਰ ਸਕਣ। ਇਹ ਦਾੜਿਆਂ ਤੇ ਇਹ ਝੰਡੇ ਬੁੰਗਿਆਂ ਤੇ ਕਈ ਵਾਰ ਸਵਾਲ ਖੜੇ ਹੋ ਜਾਂਦੇ ਹੁੰਦੇ ਨੇ। ਅੱਜ ਉਹੀ ਕੇਸਰੀ ਨਿਸ਼ਾਨ ਤੇ ਉਹੀ ਦਾੜੇ ਖੁੱਲੇ ਇਹਨਾਂ ਨੂੰ ਮਿਲ ਰਹੇ ਨੇ। ਅੱਜ ਕੀ ਕਹਿਣਾ ਚਾਹੋਗੇ ਜਿਹੜੇ ਇਹ ਜਿਹੇ ਸਵਾਲ ਖੜੇ ਕਰਦੇ ਨੇ? ਦੇਖੋ, ਇਹ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ ਜਿਹੜੇ ਸਵਾਲ ਖੜਾ ਕਰਦੇ ਆ। ਕਿਤੇ ਨਾ ਕਿਤੇ ਉਹ ਸਿੱਖੀ ਦੇ ਵਿੱਚੋਂ ਵਿਸ਼ਵਾਸ ਲੋਕਾਂ ਦਾ ਹਟਾਉਣਾ ਚਾਹੁੰਦੇ ਆ, ਤੇ ਝੰਡੇ ਬੁੰਗੇ ਜਾਂ ਸਰੋਵਰ ਸਾਡੇ ਜਿਹੜੇ ਆ ਜਾਂ ਤੀਰਥ ਸਥਾਨ ਆ, ਗੁਰਦੁਆਰਾ ਸਾਹਿਬਾਨ ਆ, ਤੇ ਉਹਦੇ ਵਿੱਚ ਸੰਗਤ ਦੀ ਆਸਥਾ ਰਹੀ ਆ ਤੇ ਰਹੇਗੀ। ਤੇ ਉਹਦਾ ਇੱਕ ਪ੍ਰਤੱਖ ਪ੍ਰਮਾਣ ਇਹ ਆ ਕਿ ਸ਼ਹੀਦੀ ਸਭਾ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਆ। ਇਹ ਸੰਗਤ ਹਰ ਸਾਲ ਵੱਧ ਰਹੀ ਆ। ਤਾਂ ਇਹਦਾ ਮਤਲਬ ਜੋ ਉਹ ਮੁੱਠੀ ਭਰ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਦੇ ਵਿਰੁੱਧ ਪ੍ਰਚਾਰ ਕਰਦੇ ਆ, ਤੇ ਉਹ ਅਲੱਗ ਥਲੱਗ ਆ, ਤੇ ਉਹਨਾਂ ਦਾ ਪ੍ਰਚਾਰ ਦਾ ਸੰਗਤ 'ਤੇ ਅਸਰ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੀ ਆਸਥਾ ਜਿਹੜੀ ਗੁਰੂ ਸਾਹਿਬ 'ਤੇ ਅਟੁੱਟ ਹੈ। ਇਹ ਵੀ ਕਿਹਾ ਜਾਂਦਾ ਕਿ ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨੇ ਚਾਹੀਦੇ ਸੀ ਉਹ ਕਰ ਨਹੀਂ ਪਾਈ, ਪਰ ਅੱਜ ਅਸੀਂ ਇਸੇ ਕਰਕੇ ਤੁਹਾਡੇ ਕੋਲ ਆਏ ਹਾਂ ਕਿ ਅਦਾਰੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਦੇ ਵਿੱਚ। ਕਿੰਨਾ ਕੁ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਕੋਲ ਜਿਹੜੇ ਆਰਥਿਕ ਸਾਧਨ ਆ ਉਹ ਸੀਮਤ ਆ। ਸੰਗਤ ਦੀ ਜਿਹੜਾ ਚੜਾਵਾ ਆ ਉਹਦੇ ਨਾਲ ਹੀ ਉਹਨਾਂ ਕੋਲ ਜਿਹੜਾ ਪੈਸਾ ਆਉਂਦਾ ਆ। ਉਹਦੇ ਬਾਵਜੂਦ ਲੰਗਰ ਦਾ ਪ੍ਰਬੰਧ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਅਕਾਦਮਿਕ ਪ੍ਰਬੰਧ ਜਿਹੜਾ ਆ ਵਿੱਦਿਆ ਪ੍ਰਦਾਨ ਕਰ ਰਹੀ ਆ। ਕਾਫੀ ਬੱਚਿਆਂ ਨੂੰ ਮੁਫਤ ਵਿੱਦਿਆ ਦੀ ਸਹੂਲਤ ਦੇ ਰਹੀ ਆ। ਉਸ ਤੋਂ ਇਲਾਵਾ ਕੋਈ ਵੀ ਸਮਾਜਿਕ ਆਫਤ ਆ ਜਾਵੇ ਤਾਂ ਉਹਦੇ ਵਿੱਚ ਵੀ ਜਿਹੜੀ ਆ SGPC ਵੱਧ ਚੜ੍ਹ ਕੇ ਹਿੱਸਾ ਲੈਂਦੀ ਆ, ਤੇ ਹੋਰ ਸਿੱਖ ਕੌਮ ਦੇ ਸਾਰੇ ਮਸਲਿਆਂ ਵਾਸਤੇ ਜਿਹੜੀ ਆ ਉਹ
ਮੇਰੇ ਖਿਆਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਮੇਂ ਪਹਿਲ ਕਦਮੀ ਕੀਤੀ ਜਾਂਦੀ ਆ। ਸੋ ਕੁਝ ਲੋਕ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਜ਼ਿਸ਼ ਦੇ ਤਹਿਤ, ਤਾਂ ਉਹ ਨਹੀਂ ਹੋਣਾ ਚਾਹੀਦਾ। ਜੇ ਕੋਈ ਕਮੀਆਂ ਵੀ ਮਹਿਸੂਸ ਹੁੰਦੀਆਂ ਤਾਂ ਸਾਨੂੰ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇੰਨੀਆਂ ਕੁਰਬਾਨੀਆਂ ਤੋਂ ਬਾਅਦ ਜੋ ਸੰਸਥਾ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਨੂੰ ਸਾਰਿਆਂ ਨੂੰ ਉਹਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਕਿ ਪ੍ਰੋਫੈਸਰ ਸਾਹਿਬਾਨ ਸੀ, BC ਸਾਹਿਬਾਨ ਸੀ, ਪ੍ਰਿੰਸੀਪਲ ਸਾਹਿਬਾਨ ਸੀ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਦੇ ਸਟੂਡੈਂਟਾਂ ਦੇ ਨਾਲ ਵੀ ਗੱਲ ਕਰੀ ਆ। ਪਰ ਤੁਹਾਨੂੰ ਇੱਕ ਨਜ਼ਾਰਾ ਹੋਰ ਦਿਖਾ ਦਿੰਨੇ ਆ ਇਸ ਸ਼ਹੀਦੀ ਸਭਾ ਦੇ ਵਿੱਚ। ਉਹ ਕੀ ਆ ਕਿ ਪਿੱਛੇ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਕਿ ਪਾਰਟੀ ਦੇ ਬੰਦੇ ਪਹੁੰਚੇ ਨੇ, ਉਹਨਾਂ ਦੇ ਵੱਲੋਂ ਇਹ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਲੋਕ ਸਭਾ ਦੇ ਵਿੱਚ ਖੜੀਆਂ ਹੋਈਆਂ, ਜੋ ਤਸਵੀਰਾਂ ਦੀ ਗੱਲ ਲੋਕ ਸਭਾ ਦੇ ਵਿੱਚ ਗੱਲ ਕੀਤੀ ਗਈ। ਸਿੱਧੂ ਮੂਸੇਵਾਲਾ, ਸ਼ੁਭਦੀਪ ਸਿੰਘ ਦੀਪ ਸਿੱਧੂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਜੀਤ ਸਿੰਘ ਨਿੱਜਰ, ਤਾਂ ਉਹਨਾਂ ਦੀਆਂ ਤਸਵੀਰਾਂ ਨੂੰ ਲੈ ਕੇ ਅੱਜ ਇਸ ਸਭਾ ਦੇ ਵਿੱਚ ਇੱਕ ਹਿੱਸਾ ਬਣੇ ਨੇ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਸਾਂਝਾ ਹੋ ਰਿਹਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਪਹਿਲਾਂ ਹੀ ਕਿਹਾ ਸੀ ਕਿ ਹਰ ਪੱਖ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਹਰ ਪੱਖ ਤੋਂ ਤੁਹਾਨੂੰ ਦਿਖਾਵਾਂਗੇ ਕਿ ਇਸ ਸਭਾ ਦੇ ਵਿੱਚ ਕਿਹੜੀਆਂ ਜਿਹੜੀਆਂ ਕਿ ਸਾਹਮਣੇ ਆ ਰਿਹਾ ਹੈਗਾ ਜੋ ਕੁਝ ਵੀ ਆ। ਤਾਂ ਮਾਨ ਸਿੰਘ ਮਾਨ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦੀ ਸਭਾ ਦੇ ਵਿੱਚ ਇਹਨਾਂ ਬਾਈ ਦੀਪ ਸਿੱਧੂ ਮੂਸੇਵਾਲੇ ਹੋਰਾਂ ਦੀ ਤਸਵੀਰ ਜਿਹੜੀ ਕਿ ਲੋਕ ਸਭਾ ਦੇ ਵਿੱਚ ਬੋਲਣ ਤੋਂ ਮਾਨ ਸਾਹਿਬ ਨੂੰ ਰੋਕ ਦਿੱਤਾ ਗਿਆ ਸੀ, ਟੋਕ ਦਿੱਤਾ ਗਿਆ ਸੀ। ਅੱਜ ਫਿਰ ਇਸ ਸਭਾ ਦੇ ਵਿੱਚ ਇਹ ਤਸਵੀਰਾਂ ਲੈ ਕੇ ਖੜੇ ਹੋਏ ਆ ਜਿੱਥੇ ਸਾਹਿਬਜ਼ਾਦਾ ਜ਼ੋਰਾ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਹੋਈ ਹੈ। ਇੱਕ ਮੁਗਲ ਹਕੂਮਤ ਜਿਸ ਨੇ ਬਹੁਤ ਗਲਤ ਤਰੀਕੇ ਨਾਲ ਉਹਨਾਂ ਨੂੰ ਫੜ ਕੇ ਬੇਕਾਨੂੰਨ ਕਤਲ ਕੀਤਾ ਸੀਗਾ, ਉਹ ਹਾਲਾਤ ਸਿੱਖ ਕੌਮ ਦੀ ਇਸ ਹਕੂਮਤ 'ਚ ਫਿਰ ਆ ਰਹੀ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੇਕਸੂਰ ਸਿੱਖਾਂ ਨੂੰ ਕਤਲੇਆਮ 1984 ਦਾ ਕਰਦੇ ਆਏ ਆ, ਪੰਜਾਬ 'ਚ ਪੁਲਿਸ ਨੇ ਕੀਤਾ ਔਰ ਇਸ ਤੋਂ ਇਲਾਵਾ ਬਾਹਰਲੇ ਦੇਸ਼ਾਂ 'ਚ ਹੁਣ ਇਹ ਕਤਲ ਕਰਨ ਲੱਗ ਪਏ ਆ। ਸੋ ਅਸੀਂ ਆਪਣੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨੰਦੇ ਨਜ਼ਰ ਰੱਖ ਕੇ ਅਸੀਂ ਅੱਜ ਇਹਨਾਂ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਭਾਰਤ ਦੀ ਹਕੂਮਤ ਨੇ ਉਸੇ ਤਰ੍ਹਾਂ ਕੋ ਕੇ ਮਾਰਿਆ ਜਿਸ ਤਰ੍ਹਾਂ ਮੁਗਲ ਹਕੂਮਤ ਨੇ ਕੀਤਾ ਸੀ। ਲੱਗਦਾ ਵੀ ਅੱਜ ਇਹ ਜਾਇਜ਼ ਸੀ ਇਸ ਜਗ੍ਹਾ ਤੇ ਇਹਨਾਂ ਦੀਆਂ ਤਸਵੀਰਾਂ ਲਾਉਣੀਆਂ ਅੱਜ ਜਾਇਜ਼ ਮੰਨੀਆਂ ਗਈਆਂ ਨੇ, ਕਿਉਂਕਿ ਕਈ ਵਿਰੋਧੀ ਪਾਰਟੀਆਂ ਇਹ ਵੀ ਸਵਾਲ ਖੜੇ ਕਰਨੇ ਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਥਾਂ ਤੇ ਇਹਨਾਂ ਦੀਆਂ ਤਸਵੀਰਾਂ ਕਿਉਂ ਲਗਾਈਆਂ ਗਈਆਂ। ਵੈਸੇ ਤਾਂ ਅਸੀਂ ਤਾਂ ਬਾਣੀ ਦੇ ਉਪਾਸ਼ਕ ਹਾਂ, ਤੁਰਕੀ ਬਾਣੀ ਆਈ ਉਹਦੇ ਸੋਚ ਅਧੀਨ ਫੋਟੋਆਂ ਤਾਂ ਵੈਸੇ ਹੀ ਬੈਨ ਹੈ, ਪਰ ਅਸੀਂ ਦੇਖਦੇ ਹਾਂ SGPC ਦੇ ਵਿੱਚ ਇਹਨਾਂ ਨੇ ਵੱਖ-ਵੱਖ ਪਤਾ ਨਹੀਂ ਕਿਹਦੀ ਸ਼ਕਲ ਪਾ ਕੇ ਗੁਰੂ ਸਾਹਿਬਾਨ, ਕਿਹਦੀ ਸ਼ਕਲ ਪਾ ਕੇ ਸਾਹਿਬਜ਼ਾਦਿਆਂ ਦੀ ਇਹਨਾਂ ਨੇ ਫੋਟੋ ਲਾਈ ਹੋਈ ਹੈ। ਅਸੀਂ ਸਮਝਦੇ ਹਾਂ ਕਿ ਜਿਹੜੀਆਂ ਫੋਟੋਆਂ ਹੈ ਇਹ SGPC ਨੇ ਜਿਹੜੀ ਪ੍ਰਮੋਸ਼ਨ ਕੀਤੀ ਹੈ ਇਹਦੀ, ਇਹ ਸਿੱਖੀ ਦੇ ਬਰਖਲਾਫ ਹੈ, ਪਰ ਇਹ ਇਨਸਾਨ ਅਸਲ 'ਚ ਇੱਥੇ ਜਿਉਂਦੇ ਸੀਗੇ ਜਿਨ੍ਹਾਂ ਨੂੰ ਭਾਰਤ ਨੇ ਮਾਰਿਆ। ਅਸੀਂ ਇਸ ਕਰਕੇ ਉਸ ਨੂੰ ਸ਼ਹਾਦਤ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੰਦੇ ਨਜ਼ਰ ਰੱਖਦੇ ਹੋਏ ਅੱਜ ਜੋ ਹਕੂਮਤਾਂ ਜ਼ੁਲਮ ਕਰ ਰਹੀਆਂ ਉਹਨਾਂ ਨੂੰ ਯਾਦ ਕਰਕੇ ਅਸੀਂ ਇਹਨਾਂ ਦੀਆਂ ਫੋਟੋ ਨਾਲ ਤੁਰ ਰਹੇ ਹਾਂ। ਇਹ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ, ਜਾਇਜ਼ ਮੰਨਦੇ ਹੋ ਖਾਲਿਸਤਾਨ ਜਿੰਦਾਬਾਦ ਕਹਿਣਾ? ਇਹ ਧਰਤੀ ਉਹ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਖਾਲਸਾ ਰਾਜ ਸਥਾਪਿਤ ਕੀਤਾ ਸੀ, ਜਿੱਥੇ ਜ਼ਿਮੀਂਦਾਰਾਂ ਨੂੰ ਆਪਣੇ ਜ਼ਮੀਨ ਵਾਹੁਣ ਦਾ ਹੱਕ ਦਿੱਤਾ ਸੀਗਾ ਔਰ ਨਾਨਕਸ਼ਾਹੀ ਸਿੱਕਾ ਉਰੇ ਛਾਪਿਆ ਗਿਆ ਸੀਗਾ। ਅੱਜ ਇਹ ਹਕੂਮਤ ਸਾਡੇ ਉੱਤੇ ਕੇਜਰੀਵਾਲ ਕਹਿੰਦਾ ਹੈ ਕਿ ਅਸੀਂ ਸਤਿਕਾਰਯੋਗ ਹਿੰਦੂ ਧਰਮ ਦੀ ਲక్ష్ਮੀ ਮਾਤਾ ਜੀ ਦੀ ਫੋਟੋ ਨੋਟਾਂ ਤੇ ਲਾਉਣਾ ਹੈ, ਤੇ ਇਹ ਜਿਹੜੀ ਬੁੱਤ ਪੂਜਾ ਤੇ ਇਹ ਜਿਹੜੀ ਸੋਚ ਹੈ ਇਹ ਸਿੰਘ ਸਭਾ ਨੇ ਸਾਡੇ ਗੁਰੂ ਘਰਾਂ ਚੋਂ ਕੱਢੀ ਸੀ। ਸੋ ਅਸੀਂ ਸਮਝਦੇ ਹਾਂ ਕਿ ਇੱਥੇ ਖਾਲਿਸਤਾਨ ਦੀ ਮੰਗ ਜ਼ਰੂਰੀ ਹੈ, ਕਿਉਂਕਿ ਸਾਡੇ ਉੱਤੇ ਹਿੰਦੂ ਰਾਸ਼ਟਰ ਲਾਗੂ ਕੀਤਾ ਜਾ ਰਿਹਾ ਹੈਗਾ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੁਰੂ ਸਾਹਿਬ ਦਾ ਵਚਨ ਸੀ ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਉਹਦਾ ਪ੍ਰਗਟਾਵਾ ਹੋਏ ਤੇ ਖਾਲਸਾ ਰਾਜ ਹੋਵੇ। ਖਾਲਸਾ ਰਾਜ ਦੀ ਗੱਲ ਕਰੀ ਹੈ, ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਸੀ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਸੀ, ਪਰ ਉਹਨਾਂ ਨੇ ਤਾਂ ਕਦੇ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਕਰੀ। ਜੇਕਰ ਇਤਿਹਾਸ ਨੂੰ ਫਰੋਲਦੇ ਹਾਂ, ਬਾਚਦੇ ਹਾਂ, ਸਾਡੀ ਸਮਝ 'ਚ ਉਹ ਖਾਲਸਾ ਰਾਜ ਖਾਲਸਾਸਤਾਨ ਹੀ ਸੀਗਾ। ਤੁਸੀਂ ਕਿਸੇ ਹੋਰ ਨਾਮ ਜਾਣਦੇ ਹੋਵੋਗੇ, ਤੁਸੀਂ ਉਹਦੇ ਨਾਲ ਲੈ ਲਓ, ਪਰ ਸਾਨੂੰ ਤਾਂ ਜਿਹੜੀ ਸੋਚ ਖਾਲਸਾਈ ਹੈ ਉਸ ਅਧੀਨ ਜਿਹੜੇ ਰਾਜ ਹੋਏ ਆ ਉਹ ਸਾਨੂੰ ਖਾਲਿਸਤਾਨ ਦੇ ਰੂਪ 'ਚ ਨਜ਼ਰ ਆਉਂਦੇ ਆ। ਤਾਂ
ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਦੇ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਬਾਹਰਲੇ ਮੁਲਕਾਂ ਵਿੱਚ ਇੰਡੀਆ ਵਿੱਚ ਕਤਲ ਕੀਤੇ ਗਏ ਸਿਰਕੱਢ ਸਿੱਖ। ਤਾਂ ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆ। ਤਾਂ ਅਸੀਂ ਤੁਹਾਡੇ ਨਾਲ ਜਿਹੜੀ ਕਿ ਇੱਕ ਤਸਵੀਰ ਹੋਰ ਪਿੱਛੇ ਚੱਲ ਕੇ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡਾ ਇਹ ਬਣਦਾ ਕਿ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰੀਏ, ਕਿਉਂਕਿ ਇੱਥੇ ਲੰਗਰਾਂ ਦੀਆਂ ਤਸਵੀਰਾਂ ਬੜੀਆਂ ਦਿਖਾ ਦਿੱਤੀਆਂ ਜਾਂਦੀਆਂ, ਇੱਥੇ ਹੋਰ ਕੁਝ ਬੜਾ ਦਿਖਾ ਦਿੱਤਾ ਜਾਂਦਾ, ਪਰ ਜਿਹੜੀਆਂ ਇਹ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਜ਼ਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਸ ਧਰਤੀ ਤੇ ਜਿਹੜਾ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜ ਰਹੇ ਨੇ, ਪਰ ਜਦੋਂ ਸਵਾਲ ਕਰੀਦੇ ਨੇ ਪਤਾ ਨਹੀਂ ਕਿਉਂ ਅਜਿਹਾ ਕੁਝ ਹੋ ਜਾਂਦਾ। ਪਰ ਚਲੋ ਅਸੀਂ ਤੁਹਾਨੂੰ ਤਸਵੀਰ ਜਿਹੜੀ ਕਿ ਅੱਗੇ ਚੱਲ ਕੇ ਦਿਖਾਉਣੇ ਆ। ਇਹ ਨਿਹੰਗ ਸਿੰਘਾਂ ਦੇ ਜ਼ੋਰ ਨੇ। ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਦੁਨੀਆ ਹੁੰਦੀ ਆ, ਹਰ ਇੱਕ ਤਰ੍ਹਾਂ ਦੇ ਜਿਹੜੇ ਕਿ ਲੋਕ ਹੁੰਦੇ ਨੇ ਇਹਨਾਂ ਇਕੱਠਾਂ ਦੇ ਵਿੱਚ, ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਦਿਖਾ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ ਜੀ। ਕੁਝ ਬੋਲਣਾ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਤੁਹਾਡਾ ਚੈਨਲ ਆ, ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਭਗਵੰਤ ਮਾਨ ਵੀ ਜਿਹੜਾ ਚਿੱਟਾ ਵਿਕਦਾ ਨਾ, ਚਿੱਟਾ ਵਿਕਦਾ ਉਹ ਚਿੱਟਾ ਬੰਦ ਕਰ ਦੇ, ਨਹੀਂ ਤੇਰੀ ਨਾਥਾਂ ਧੂਆਂ ਕਰ ਦਿਆਂਗੇ। ਚਿੱਟਾ ਬੰਦ ਕਰਾਉਣਾ ਤੁਸੀਂ ਸਰਕਾਰ ਜੀ। ਇਹਨਾਂ ਸਿੰਘ ਸਾਹਿਬ ਦੀ ਅਪੀਲ ਆ ਕਿ ਚਿੱਟਾ ਬੰਦ ਹੋ ਜਾਏ। ਇਹ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਜ਼ੋਰ ਨੇ। ਇਹ ਜੋ ਜ਼ੋਰ ਦਿਖਾਏ ਜਾਂਦੇ ਨੇ ਗੱਤਕੇ ਦੇ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਸ ਸ਼ਾਸਤਰਾਂ ਦੇ ਉੱਤਰ ਕਾਫੀ ਸਵਾਲ ਖੜੇ ਹੁੰਦੇ ਨੇ, ਕਾਫੀ ਕੁਝ ਜਿਹੜਾ ਕਿ ਬੋਲਿਆ ਜਾਂਦਾ ਸ਼ਾਸਤਰਾਂ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਫਤਿਹ ਸਿੰਘ ਜੀ ਦਾ ਪੰਥ ਚਲਾਇਆ ਹੋਇਆ ਜੀ, ਬਾਬਾ ਬੁੱਢਾ ਦਲ। ਬਾਕੀ ਸਾਡੇ ਜਥੇਦਾਰ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸ਼ਾਸਤਰ ਵਿਦਿਆ ਇਹ ਬਾਬਾ ਬੁੱਢਾ ਜੀ ਦੀ ਦੇਣ ਆ ਜੀ। ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਨੇ ਬਚਨ ਕੀਤੇ ਸੀਗੇ ਵੀ ਮਹਾਰਾਜ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜੀ ਕਹਿੰਦੇ ਸਨ ਵੀ ਮਹਾਰਾਜ ਕਹਿੰਦੇ ਸ਼ਾਸਤਰ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਿਹੜਾ ਇਹ ਰਾਜ ਆ ਇਹ ਸ਼ਾਸਤਰਾਂ ਦੇ ਅਧੀਨ ਆ, ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੂੰ ਵਰਦਾਨ ਬਾਬਾ ਬੁੱਢਾ ਜੀ ਨੇ ਜਿਸ ਸਮੇਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ, ਉਸ ਸਮੇਂ ਬਾਬਾ ਬੁੱਢਾ ਜੀ ਨੂੰ ਦੇਖ ਕੇ ਛੇਵੇਂ ਪਾਤਸ਼ਾਹ ਖੁਸ਼ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਬੁੱਢਿਆ ਇਹ ਕਿੰਨੀ ਫੌਜ ਲੈ ਕੇ ਆਇਆ? ਵੀ ਜ਼ਿਆਦਾ ਸੀ, ਗਵਾਲੀਅਰ ਦੇ ਕਿਲੇ 'ਚ ਆਏ ਸੀ ਉਸ ਸਮੇਂ 18000 ਤੇਰੇ ਕੋਲ ਫੌਜ ਛੱਡ ਕੇ ਆਏ ਸੀ, ਅੱਜ ਤੂੰ 32000 ਫੌਜਾਂ ਦਾ ਇਕੱਠ ਲੈ ਕੇ ਆਇਆ। ਉਹਨਾਂ ਤੋਂ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਚਨ ਕੀਤੇ ਸੀ
ਵੀ ਧੰਨ ਧੰਨ ਬਾਬਾ ਬੁੱਢਾ ਜੀ ਆਪ ਜੀ ਦੇ ਨਾਂ ਤੇ ਦਲ ਪੰਥ ਚੱਲੇਗਾ, ਜਿਸ ਦਾ ਨਾਂ ਬੁੱਢਾ ਦਲ ਹੋਵੇਗਾ। ਜਾਵੇ ਬਾਬਾ ਬੁੱਢਾ ਜੀ ਦੇ ਮਨ ਨੂੰ ਪਾਵੇ। ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਸ਼ਾਸਤਰ ਵਿੱਦਿਆ ਘੋੜ ਸਵਾਰੀ ਦੀ ਦਾਤ ਬਖਸ਼ੀ। ਅੱਜ ਉਹੀ ਮਰਿਆਦਾ ਨਿਹੰਗ ਸਿੰਘ ਸਾਂਭੀ ਬੈਠੇ ਨੇ, ਜੋ ਕਿ ਹਰ ਸਾਲ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਰਦੇ ਹੋਏ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਅਖਾੜਾ ਗੁਰੂ ਦੀਆਂ ਲਾਡਲੀਆਂ ਫੌਜਾਂ ਇੱਥੇ ਹਾਜ਼ਰੀ ਭਰਨ ਆਉਂਦੀਆਂ ਨੇ, ਜਿਨ੍ਹਾਂ ਦਾ ਮਿਸ਼ਨ ਹੈ ਸ਼ਾਸਤਰ ਵਿੱਦਿਆ ਤੇ ਘੋੜ ਸਵਾਰੀ, ਗੁਰਬਾਣੀ ਸੰਥਿਆ ਤੇ ਬਾਣੀ ਬਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਗੱਜ ਗੱਜ ਕਰੇ ਜਾਵੇ ਨਾਲ ਹੋ ਜਾਵੇ ਪੁੱਤਰਾਂ ਦਾ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਵੇ। ਸਤਿ ਸ੍ਰੀ ਅਕਾਲ। ਅਸੀਂ ਤੁਹਾਨੂੰ ਇਹ ਜੌਹਰ ਅੱਜ ਗੱਤਕੇ ਦੇ ਜਿਹੜੇ ਇੱਥੇ ਨਿਹੰਗ ਸਿੰਘਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ, ਤੁਹਾਡੇ ਤੱਕ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰਾਂਗੇ। ਇਹ ਤਸਵੀਰਾਂ ਤਾਂ ਤੁਸੀਂ ਦੇਖੋਗੇ ਕਿ ਇਹ ਤਸਵੀਰਾਂ ਦੇ ਜ਼ਰੀਏ ਖੁੰਡੀਆਂ ਹੋਈਆਂ ਕਿਰਪਾਨਾਂ ਕਿਵੇਂ ਉਦੋਂ ਜ਼ਾਲਮ ਦੀਆਂ ਗਰਦਨਾਂ ਤੇ ਬਰੀਆਂ ਤੇ ਕਿਵੇਂ ਉਦੋਂ ਜ਼ਾਲਮ ਨੂੰ ਜਿਹੜਾ ਕਿ ਕਨੇ ਚਵਾਏ ਖੁੰਡੀਆਂ ਹੋਈਆਂ ਕਿਰਪਾਨਾਂ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਜਿਹੜੀਆਂ ਕਿ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। CBSE ਬੋਰਡ ਦੇ ਜਿਹੜੇ ਸਟੂਡੈਂਟ ਨੇ, ਅਕੈਡਮੀ ਆ, ਇਸੇ ਅਕੈਡਮੀ ਦੀ ਨੇ ਇਹ ਅਕੈਡਮੀ ਹੈ ਜੀ ਬਹਾਦਰਗੜ੍ਹ ਜੀ। ਜੀ ਹਾਂਜੀ। ਇਹ ਛੋਟੇ ਛੋਟੇ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? LKG। ਅੰਗਰੇਜ਼ੀ ਪੜ੍ਹਦੇ ਹੋ? ਕਿੰਨੀ ਉਮਰ ਆ? ਕਿੰਨੇ ਈਅਰ ਦੇ ਹੋ? 4 ਸਾਲ ਦਾ। 4 ਸਾਲ ਦੇ। ਤਾਂ ਇਹ ਛੋਟੇ ਛੋਟੇ ਬੱਚੇ ਨੇ, ਤੁਹਾਡੇ ਨਾਲ ਆਏ ਨੇ ਜੀ ਇਹ? ਹਾਂਜੀ ਹਾਂਜੀ। ਇਹਨਾਂ ਨੂੰ ਜਦੋਂ ਤੁਸੀਂ ਸਜਾਇਆ ਇਸ ਤਰ੍ਹਾਂ ਦਮਾਲੇ ਸਜਾਏ ਗਏ, ਜੋੜਿਆ ਸਾਹਿਬ ਪਾਏ ਗਏ, ਤਾਂ ਅੱਜ ਦੀਆਂ ਇਹ ਤਸਵੀਰਾਂ ਬਹੁਤ ਜਿਹੜੀਆਂ ਕਿ ਖਿੱਚ ਦਾ ਕੇਂਦਰ ਬਣੀਆਂ ਨੇ ਸੰਗਤਾਂ ਦੀਆਂ। ਦਿਲ ਦੇ ਵਿੱਚ ਕੀ ਆ ਰਿਹਾ ਸੀ ਉਦੋਂ? ਅੱਖਾਂ ਦੇ ਮੂਹਰੇ ਕੀ ਆ ਰਿਹਾ ਸੀ? ਹਾਂਜੀ, ਉਦੋਂ ਅੱਖਾਂ ਦੇ ਮੂਹਰੇ ਕੀ ਭਾਵਨਾਵਾਂ ਆ ਰਹੀਆਂ ਸੀ ਜਦੋਂ ਦਮਾਲੇ ਸਜਾ ਰਹੇ ਸੀ? ਜੋੜਾ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਆ। ਬਿਲਕੁਲ। ਤਾਂ ਇਹ ਤਸਵੀਰਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਪੁੱਤ? 5th 5th 'ਚ? ਹੈ 1st 7th 1st 4th 1st। ਅੱਛਾ, ਫਸਟ 'ਚ ਹੋ। ਕਿੰਨੀ ਉਮਰ ਆ? 8। ਅੱਛਾ, ਇਹ ਤੁਹਾਡੇ ਨਾਲ ਆਏ ਨੇ ਜੀ? ਜਦੋਂ ਇਹਨਾਂ ਨੂੰ ਸਜਾਇਆ, ਇਹਨਾਂ ਦੇ ਦਮਾਲੇ ਸਜਾਏ, ਚੋਲਾ ਸਾਹਿਬ ਪਾਏ ਗਏ, ਤਾਂ ਇੱਧਰ ਨੂੰ ਰਵਾਨਾ ਹੋਣਾ ਸੀ, ਤਾਂ ਮਨ ਦੇ ਵਿੱਚ ਭਾਵਨਾਵਾਂ ਕੀ ਉੱਠ ਰਹੀਆਂ ਸੀਗੀਆਂ? ਤੁਸੀਂ ਪ੍ਰਿੰਸੀਪਲ ਮੈਮ ਨਾਲ ਗੱਲ ਕਰ ਲਓ ਜੀ। ਪ੍ਰਿੰਸੀਪਲ ਮੈਂ ਹੈਗੇ ਹੋ। ਅੱਛਾ, ਬੱਚਿਆਂ ਦੀ ਮੰਮੀ ਨਾਲ ਗੱਲ ਕਰੀਏ? ਫਿਰ ਇਹਨਾਂ ਨਾਲ ਜੀ ਜਦੋਂ ਇਹਨਾਂ ਨੂੰ ਤੁਸੀਂ ਇੱਧਰ ਸਜਾ ਕੇ ਲਿਆ ਰਹੇ ਸੀ, ਇਹਨਾਂ ਛੋਟੇ ਬੱਚਿਆਂ ਨੂੰ ਫਰਜ਼ੰਦਾਂ ਦੀ ਯਾਦ ਆ ਰਹੀ ਹੋਣੀ ਆ, ਸਾਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਜਿਹੜਾ ਕਿ ਉਹ ਮਨਾਇਆ ਜਾ ਰਿਹਾ, ਉਦੋਂ ਦਿਲ ਦੇ ਵਿੱਚ, ਮਨ ਦੇ ਵਿੱਚ ਕੀ ਆ ਰਿਹਾ ਸੀ ਜਾਂ ਅੱਖਾਂ ਦੇ ਸਾਹਮਣੇ ਕੀ ਆ ਰਿਹਾ ਸੀ? ਉਦੋਂ ਉਹੀ ਟਾਈਮ ਯਾਦ ਆਉਂਦਾ ਕਿ ਹਾਂ ਵੀ ਸਾਡੇ ਆਪਣੇ ਛੋਟੇ ਛੋਟੇ ਬੱਚੇ ਨੇ। ਮੇਰੀ ਗੁੜੀਆ 8 ਸਾਲ ਦੀ,
ਮੈਂ ਉਸ ਟਾਈਮ ਵੀ ਜਦੋਂ ਇਹਨੂੰ ਤਿਆਰ ਕਰਦੀ ਤਾਂ ਮੈਂ ਇਹੀ ਸੋਚਦੀ ਹਾਂ ਕਿ ਉਹ ਮਾਤਾ ਗੁਜਰੀ ਨੇ ਕਿਵੇਂ ਤਿਆਰ ਕੀਤੇ ਹੋਣਗੇ, ਉਹ ਰਾਤ ਕਿਵੇਂ ਗੁਜ਼ਾਰੀ ਹੋਏਗੀ, ਕਿਉਂਕਿ ਇੰਨੀ ਠੰਡ 'ਚ ਵੀ ਜਦੋਂ ਮੈਂ ਇਹਨੂੰ ਲੈ ਕੇ ਆਉਂਦੀ ਹਾਂ ਤਾਂ ਵੀ ਮੇਰੇ ਮਨ ਜਾਂਦਾ ਕਿ ਹਾਏ ਇੰਨੀ ਠੰਡ ਹੈ। ਤੇ ਫਿਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਜੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਜੋੜਦੇ ਰਹਾਂਗੇ, ਠੀਕ ਹੈ ਨਾ ਜੀ, ਤਾਂ ਹੀ ਅਸੀਂ ਉਹਨਾਂ ਦੇ ਸਦਕਾ ਅੱਜ ਅਸੀਂ ਜਾਣੇ ਪਛਾਣੇ ਜਾਂਦੇ ਹਾਂ ਤੇ ਇਹਦਾ ਅਸੀਂ ਸਿਜਦਾ ਕਰਨ ਆਉਂਦੇ ਹਾਂ। ਇਸੇ ਕਰਕੇ ਅਸੀਂ ਇਹਨਾਂ ਨੂੰ ਤਿਆਰ ਕਰਦੇ ਹਾਂ ਉਨੇ ਹੀ ਚਾਵਾਂ ਤੇ ਉਨੇ ਹੀ ਪਿਆਰ ਨਾਲ। ਪੂਰਾ ਸਾਲ ਅਸੀਂ ਇਸ ਦਿਨ ਦਾ ਇੰਤਜ਼ਾਰ ਕਰਦੇ ਹਾਂ। ਸਾਰੇ ਸਕੂਲਾਂ 'ਚ ਛੁੱਟੀਆਂ ਹੁੰਦੀਆਂ, ਸਾਡੇ ਸਕੂਲ 'ਚ ਇਸ ਰਾਤ ਅਸੀਂ ਸਾਰੇ ਬੱਚਿਆਂ ਨੂੰ ਨਾਈਟ ਸਟੇ ਕਰਾਉਂਦੇ ਹਾਂ ਤੇ ਸਵੇਰੇ ਇੱਥੇ ਲਿਆ ਕੇ ਸਿਜਦਾ ਕਰਕੇ ਫਿਰ ਛੁੱਟੀਆਂ ਕਰਾਂਗੇ। ਹੁਣ ਅਸੀਂ ਤਾਂ ਇਹ ਤਸਵੀਰਾਂ ਦੇਖ ਕੇ ਥੋੜਾ ਜਿਹਾ ਮਨ ਹੈ ਜਿਹੜਾ ਉਹ ਭਾਵੁਕ ਹੋਇਆ। ਤਾਂ ਅਸੀਂ ਤੁਹਾਡੇ ਨਾਲ ਕਾਫੀ ਕੁਛ ਜਿਹੜਾ ਕਿ ਸਾਂਝਾ ਕਰ ਰਹੇ ਹਾਂ। ਸੂਰਮਾ ਤੁਸੀਂ ਦੇਖ ਸਕਦੇ ਹੋ ਤਾਂ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਇਹ ਵੀ ਗੁਰਬਾਣੀ ਦੀਆਂ ਤੁਕਾਂ ਨੇ। ਤਾਂ ਅਸੀਂ ਤੁਹਾਡੇ ਨਾਲ ਅੱਜ ਇਹ ਤਸਵੀਰ ਪੂਰੇ ਜਾਹੋ ਜਲਾਲ ਦੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਅੱਜ ਦੇ ਦਿਨ ਇੱਥੇ ਅਰਦਾਸਾਂ ਹੋ ਰਹੀਆਂ ਨੇ, ਭੋਗ ਨੇ ਜਿਹੜੇ ਉਹ ਪਾਏ ਜਾ ਰਹੇ ਨੇ। ਤਾਂ ਪੂਰੇ ਪੰਜਾਬ ਕੀ ਪੂਰੀ ਦੁਨੀਆ ਚੋਂ ਇਸ ਜਗ੍ਹਾ ਤੇ ਸੰਗਤ ਪਹੁੰਚੀ ਆ। ਇਸ ਜਗ੍ਹਾ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਛੋਟੇ ਫਰਜ਼ੰਦਾਂ ਨੇ ਸਿੱਖੀ ਦੀਆਂ ਨੀਹਾਂ ਪੱਕੀਆਂ ਕਰਤੀਆਂ ਸੀ। ਜਦੋਂ ਕੰਧ ਗੋਡਿਆਂ ਤੱਕ ਪਹੁੰਚਦੀ ਆ ਤਾਂ ਜ਼ਾਲਮ ਹਕੂਮਤ ਦੇ ਵੱਲੋਂ ਕਿਹਾ ਜਾਂਦਾ ਕਿ ਇੱਟ ਨਹੀਂ ਉੱਥੋਂ ਕੱਢਣੀ, ਉੱਥੋਂ ਕੋਈ ਮੋਗਾ ਨਹੀਂ ਰੱਖਣਾ, ਉੱਥੋਂ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਚੱਪਣੀਆਂ ਨੇ ਉਹਨਾਂ ਨੂੰ ਲਾਹ ਦਿੱਤਾ ਜਾਂਦਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਨਗਾਰੇ ਵੱਜਦੇ ਦਿਖਾ ਦੇ ਇੱਕ ਵਾਰ। ਇਹ ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਨਗਾਰੇ। ਇਹ ਜੁਗਾਂ ਜੁਗਾਂ ਤੱਕ ਗੂੰਜਦੇ ਰਹਿਣੇ ਆ। ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਅੱਜ ਮੰਤਮੀ ਬਿਗਲ ਵਜਾਉਣ ਵਾਲੇ ਨਗਾਰਿਆਂ ਨੂੰ ਜ਼ਰੂਰ ਸੁਣ ਲੈਣ। ਜੇਕਰ ਆਵਾਜ਼ ਨਹੀਂ ਸੁਣਦੀ ਤਾਂ ਅਸੀਂ ਸੁਣਾਉਣ ਦੀ ਕੋਸ਼ਿਸ਼ ਕਰ ਦਿੰਦੇ ਹਾਂ।
ਨਗਾਰਿਆਂ ਦੀ ਆਵਾਜ਼ ਆ। ਜਿਹੜੇ ਕਹਿੰਦੇ ਸੀ ਕਿ ਮੰਤਵੀ ਬਿਗਲ ਵੱਜਣੇ ਆ, ਮੰਤਵੀ ਬਿਗਲ ਵਜਾਏ ਜਾਣਗੇ, ਅੱਜ ਅਸੀਂ ਉਹ ਨਗਾਰਿਆਂ ਦੀ ਆਵਾਜ਼ ਜਿਹੜੀ ਕਿ ਸੁਣਾ ਦਿੱਤੀ ਆ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸਮਝ ਆ ਜਾਵੇ ਕਿ ਗਾਂ ਨੂੰ ਅਜਿਹੇ ਬਿਆਨ ਨਾ ਦਿੱਤੇ ਜਾਣ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਕੁਝ ਜਿਹੜਾ ਕਿ ਜ਼ਾਹਰ ਹੋਣ ਵਾਲਾ, ਉਜਾਗਰ ਹੋਣ ਵਾਲਾ, ਜੋ ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਮਿੰਟ ਆ ਜਾਣਾ। ਵੀ ਕੀਤੇ ਗਏ, ਕਿਹਾ ਵੀ ਗਿਆ ਕਿ ਮੰਤਵੀ ਬਿਗਲ ਵਜਾਏ ਜਾਣੇ ਨੇ। ਅੱਜ ਇਸ ਜਗ੍ਹਾ ਤੇ ਜੋ ਜਾਹੋ ਜਲਾਲ ਸੰਗਤ ਦਾ ਦੇਖਣ ਨੂੰ ਮਿਲ ਰਿਹਾ, ਉਸ ਨੂੰ ਕੀ ਮਹਿਸੂਸ ਕੀ ਕਰ ਰਹੇ ਹੋ, ਜੋ ਚੜ੍ਹਦੀ ਕਲਾ ਦਾ ਅੱਜ ਇੱਕ ਪ੍ਰਤੀਕ ਆ? ਦੇਖੋ, ਜਿਹੜਾ ਮਾਤਮ ਹੈ ਉਹ ਮੌਤ ਦਾ ਹੁੰਦਾ, ਸ਼ਹਾਦਤ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਸ਼ਰਧਾ ਸਤਿਕਾਰ ਦੇਣਾ ਛੋਟੇ ਸਾਹਿਬਜ਼ਾਦਿਆਂ ਨੂੰ ਹੋਰ ਗੱਲ ਹੈ, ਲੇਕਿਨ ਜਿਹੜਾ ਖਾਲਸਾ ਹੈ ਸ਼ਹਾਦਤ ਤੇ ਚੜ੍ਹਦੀ ਕਲਾ 'ਚ ਹੁੰਦਾ, ਮਾਤਮ ਨਹੀਂ ਹੁੰਦਾ। ਜਿਹੜੇ ਛੋਟੇ ਸਾਹਿਬਜ਼ਾਦੇ ਹੈ, ਜਿੱਥੇ ਮੁਗਲ ਹਕੂਮਤ ਨੇ ਜਿਹੜੇ ਕਹਿਰ ਤੇ ਜ਼ੁਲਮ ਦੇ ਹੱਦਾਂ ਬੰਨੇ ਟੱਪਤੇ, ਉੱਥੇ ਛੋਟੇ ਸਾਹਿਬਜ਼ਾਦਿਆਂ ਨੇ ਨਿਰਭੈਤਾ ਤੇ ਸੂਰਬੀਰਤਾ ਉਹਦੀ ਚੋਟੀ ਤੇ ਪਹੁੰਚ ਗਏ, ਉਹਦੇ ਸਿਖਰ ਤੇ ਪਹੁੰਚ ਗਏ। ਇਸ ਕਰਕੇ ਇਹ ਜਿਹੜਾ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅਸੀਂ ਜਿਹੜਾ ਹੈ ਦੇਖੋ, ਜਿਹੜੇ ਹੈ ਸ਼ਹਾਦਤਾਂ ਨੂੰ ਜਿਹੜਾ ਪ੍ਰਣਾਮ ਕੀਤਾ ਜਾਂਦਾ ਹੈ, ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ, ਉਹ ਜਕਾਰਿਆਂ ਤੇ ਨਗਾਰਿਆਂ ਦੀ ਗੂੰਜ ਨਾਲ ਕੀਤਾ ਜਾਂਦਾ ਹੈ। ਚਲੋ ਅੱਛੀ ਗੱਲ ਹੈ ਕਿ ਉਹਨਾਂ ਨੇ ਇਹ ਵਾਪਸ ਲੈ ਲਿਆ, ਪਰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸਿੱਖ ਇਤਿਹਾਸ ਕੀ ਹੈ, ਸਿੱਖ ਪਰੰਪਰਾਵਾਂ ਕੀ ਨੇ। ਤੇ ਜਿਹੜਾ ਹੈ ਸ਼ਹਾਦਤ ਇੱਕ ਬਹੁਤ ਉਚਾਈ ਤੇ ਮੰਨੀ ਗਈ ਹੈ ਸਿੱਖ ਧਰਮ ਦੇ ਵਿੱਚ, ਸਾਰੀ ਮਨੁੱਖਤਾ ਦੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਸੀ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮਿਲੇ ਸੀ। ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਨਾਲ ਪਹਿਲਾਂ ਹੀ ਕਿਹਾ ਸੀ ਕਿ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਹੂਬਹੂ ਉਹ ਤਸਵੀਰ ਸਾਹਮਣੇ ਆ ਰਹੀ ਆ ਕਿ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਮਾਈਆਂ ਭੈਣਾਂ ਲੜਦੀਆਂ ਹੁੰਦੀਆਂ ਸੀ, ਤਾਂ ਇਹ ਬਹੁਤ ਜ਼ਰੂਰੀ ਆ ਹਰ ਇੱਕ ਦੇ ਲਈ। ਗੱਤਕਾ ਜਿਹੜਾ ਸਿੱਖਣਾ ਬਹੁਤ ਜ਼ਰੂਰੀ ਆ। ਜਿਵੇਂ ਅੱਜ ਮਾਰਸ਼ਲ ਆਰਟ ਕਹਿ ਦਿੰਦੇ ਨੇ ਕਿ ਉਹ ਸਿੱਖਣਾ ਜ਼ਰੂਰੀ ਆ, ਤਾਂ ਇਹ ਵੀ ਬਹੁਤ ਜ਼ਰੂਰੀ ਆ। ਇਹ ਲਾਹੀ ਬਾਣੀ ਦਾ ਜਿਹੜਾ ਪ੍ਰਤੀਕ ਆ, ਲਾਹੀ ਬਾਣੀ ਜਿਹੜੀ ਕਿ ਸ਼ਕਤੀ ਦਿੰਦੀ ਆ, ਪੈਂਟ ਭਰਦੀ ਆ। ਕਿੰਨੇ ਸੋਹਣੇ ਲੱਗਦੇ ਨੇ, ਸਿਰਾਂ ਤੇ ਦਸਤਾਰਾਂ ਦਮਾਲੇ ਸਜੇ ਨੇ ਤੇ ਆਪਣੇ ਪੁਰਾਤਨ ਇਤਿਹਾਸ ਦੇ ਨਾਲ ਜੁੜੇ ਹੋਏ ਨੇ।
ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਤੋਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਇਹ ਤਸਵੀਰਾਂ ਤੁਹਾਨੂੰ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਦਿਖਾਵਾਂਗੇ। ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੋਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੂੰ ਅੱਜ ਮਨਾਇਆ ਜਾ ਰਿਹਾ। ਸੰਗਤਾਂ ਕਾਫੀ ਜਿਹੜੀਆਂ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਅੱਜ ਲਾਸਟ ਦਿਨ ਆ ਜਿਹੜਾ ਕਿ ਇੱਥੇ ਸਭਾ ਦਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਸਭਾ ਗੀ ਸ਼ਹੀਦੀ ਸਭਾ ਗੀ, ਜਿਸ ਸਭਾ ਦੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੀ ਹਾਲ ਹੈ ਜੀ, ਕਿਵੇਂ ਹੋ, ਠੀਕ ਹੋ? ਕਿਵੇਂ ਰਿਹਾ ਅੱਜ ਦਾ ਜੋ ਸਮਾਗਮ ਸ਼ਹੀਦੀ ਸਮਾਗਮ ਸੀਗਾ, ਉਸ ਨੂੰ ਦੇਖਦੇ ਹੋ? ਇੱਥੇ ਆਈ ਵਾਰ ਮਿਲਦੇ ਆਂਗੇ ਤੇ ਸੋਗ ਵੀ ਆ ਤੇ ਚੜ੍ਹਦੀ ਕਲਾ ਦੇ ਜੈਕਾਰੇ ਵੀ ਗੂੰਜਦੇ ਆ। ਇਹਨਾਂ ਦਿਨਾਂ ਦੇ ਵਿੱਚ ਆਪਾਂ ਕੋਈ ਜ਼ਿਆਦਾ ਕੁਝ ਬੋਲ ਨਹੀਂ ਸਕਦੇ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਨੇ ਤੇ ਸਾਰੀਆਂ ਸੰਗਤਾਂ ਵਿਰਾਗਮਈ ਢੰਗ ਦੇ ਵਿੱਚ ਇੱਥੇ ਨਤਮਸਤਕ ਹੋ ਰਹੀਆਂ ਨੇ ਤੇ ਜੈਕਾਰੇ ਗੂੰਜ ਰਹੇ ਨੇ ਸਤਿਗੁਰਾਂ ਦੀ ਕਿਰਪਾ ਦੇ ਗੈਲ। ਤੁਸੀਂ ਆਹ ਦੇਖਦੇ ਹੋ ਵੀ ਨਗਰ ਕੀਰਤਨ ਕੱਢੇ ਜਾ ਰਹੇ ਨੇ, ਪਾਲਕੀ ਸਾਹਿਬ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚ ਜਾਵੇਗਾ। ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਜਿਵੇਂ ਬਾਈ ਨੇ ਦੱਸਿਆ ਕਿ ਅਸੀਂ ਜ਼ਿਆਦਾ ਬੋਲ ਨਹੀਂ ਸਕਦੇ ਹੁੰਦੇ ਕਿਉਂਕਿ ਚੜ੍ਹਦੀ ਕਲਾ ਦੇ ਜੈਕਾਰੇ ਜ਼ਰੂਰ ਗੂੰਜਣਗੇ। ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਜ਼ਰੂਰ ਲੱਗਣਗੇ। ਪਿੱਛੇ ਇਹ ਗੱਲਾਂ ਚੱਲੀਆਂ ਕਿ ਇੱਥੇ ਮੰਤਵੀ ਬਿਗਲ ਵਜਾਏ ਜਾਣ। ਅੱਜ ਜਿਨ੍ਹਾਂ ਨੇ ਉਹ ਟਵੀਟ ਕਰੇ, ਜਿਨ੍ਹਾਂ ਨੇ ਉਹ ਕਈਆਂ ਗੱਲਾਂ ਜਾਂ ਜਿਨ੍ਹਾਂ ਨੇ ਉਹ ਸ਼ੇਅਰਿੰਗ ਕਰੀਆਂ ਤਾਂ ਉਹ ਇਹ ਤਸਵੀਰ ਨੂੰ ਅੱਜ ਜ਼ਰੂਰ ਦੇਖਣ। ਇੱਥੇ ਅੱਜ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਣਗੇ। ਇੱਥੇ ਅੱਜ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਕਿ ਨਗਰ ਕੀਰਤਨ ਆ ਇਹ ਦਰਸਾਉਂਦਾ, ਇਹ ਦੱਸਦਾ ਕਿ ਜਦੋਂ ਹਕੂਮਤ ਨੇ ਸਜ਼ਾ ਦੇਣ ਦੀ ਗੱਲ ਕੀਤੀ ਤਾਂ ਉਦੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ। ਉਦੋਂ ਛੋਟੇ ਸਾਹਿਬਜ਼ਾਦਿਆਂ ਦੇ ਵੱਲੋਂ ਵੱਡੇ ਜਿਹੜੇ ਕਿ ਸਾਕੇ ਸੀ ਉਹ ਕੀਤੇ ਗਏ। ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ ਇਸ ਧਰਤੀ ਤੇ। ਇਸ ਧਰਤੀ ਨੂੰ ਸਜਦਾ ਕਰੀਦਾ ਕਿ ਜਦੋਂ ਇੱਥੇ ਸੰਗਤ ਆਉਂਦੀ ਹੈ ਤਾਂ ਸੰਗਤ ਦੇ ਵੱਲੋਂ ਬਹੁਤ ਜੋਸ਼ ਦੇ ਨਾਲ, ਬਹੁਤ ਹੋਸ਼ ਦੇ ਨਾਲ ਜਿਹੜਾ ਕਿ ਇੱਥੇ ਆ ਕੇ ਮੱਥਾ ਟੇਕੀਦਾ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਦਾ। ਤਾਂ ਮੁਲਾਜ਼ਮ ਨੇ ਸਰ 3-4 ਦਿਨ ਹੋ ਗਿਆ ਲਗਾਤਾਰ ਡਿਊਟੀ ਆ, ਸੰਗਤ ਦਾ ਉਹਨਾਂ ਨਾਲ ਵੀ ਕਰ ਲਾਂਗੇ। ਤੁਸੀਂ ਵੀ ਤਾਂ ਮੁਲਾਜ਼ਮ ਸੇਵਾਦਾਰ ਹੋ? ਹਾਂ ਸੇਵਾਦਾਰ। ਤਾਂ ਅਸੀਂ ਇੱਧਰ ਵੀ ਚਲੋ ਇਹਨਾਂ ਦੀ ਮਜਬੂਰੀ ਹੁੰਦੀ ਆ। ਸਰ ਮਾਹੌਲ ਕਿਵੇਂ ਦਾ ਲੱਗ ਰਿਹਾ ਜਿਹੜਾ ਇੱਥੇ ਸ਼ਹੀਦੀ ਸਭਾ ਦਾ ਮਾਹੌਲ ਹੁੰਦਾ? ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਨੇ, ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ। ਵੇਖੋ ਜੀ, ਇਹ ਤੇ ਹੁਣ ਗੱਲ ਕਹਿਣ ਵਾਲੀ ਤੇ ਕਰਨ ਵਾਲੀ ਨਹੀਂ ਹੈ। ਜਿਹੜੇ ਇੱਥੋਂ ਦਾ ਇਤਿਹਾਸ ਹੈ ਉਹ ਤਾਂ ਹਰ ਸਿੱਖ ਨੂੰ ਪਤਾ ਹੈ। ਤੇ ਲੂੰ ਕੰਡੇ ਖੜੇ ਕਰਨ ਵਾਲਾ ਇਤਿਹਾਸ ਹੈ ਇੱਥੇ ਦਾ। ਆਪਣੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ 2 ਛੋਟੇ ਸਾਹਿਬਜ਼ਾਦੇ ਇੱਥੇ ਜਿਹੜੇ ਨੀਹਾਂ 'ਚ ਉਹ ਚੁਣੇ ਗਏ ਨੇ ਤੇ ਚਿਣ ਕੇ ਉਹ ਇੱਥੇ ਸ਼ਹੀਦ ਕੀਤੇ ਗਏ ਨੇ। ਉਸ ਮੌਕੇ ਦੀ ਸਰਕਾਰ ਵੱਲੋਂ ਮਾਹੌਲ ਤੇ ਹੁਣ ਲੋਕੀ ਇੱਥੇ ਜਿਹੜੀ ਵੀ ਸੰਗਤ ਆਉਂਦੀ ਆ ਬੜੀ ਸ਼ਰਧਾ ਦੇ ਨਾਲ ਆਪਣੇ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਆਉਂਦੀ ਹੈ। ਉਹਨਾਂ ਦੀਆਂ ਮਤਲਬ ਸਭਾ ਨੂੰ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਤੇ ਬੜਾ ਵਧੀਆ ਮਾਹੌਲ ਹੈ। ਲੰਗਰ ਗੁਰੂ ਮਹਾਰਾਜ ਦੇ ਪਾਤਸ਼ਾਹ ਸੰਗਤ ਨੇ ਲਾਏ ਹੋਏ ਆ ਤੇ ਬੜਾ ਵਧੀਆ ਮਾਹੌਲ ਹੈ, ਸੇਫ ਹੈ। ਕੋਈ ਦਿੱਕਤ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਜਿੱਦਾਂ ਤੁਹਾਡੀ ਡਿਊਟੀਆਂ ਲੱਗਦੀਆਂ ਨੇ, ਆਈ ਵਾਰ ਤੁਸੀਂ ਇੱਥੇ ਆਉਂਦੇ ਹੋ, ਕੋਈ ਅਜਿਹੀ ਸ਼ਰਾਰਤੀ ਅਨਸਰ ਵੀ ਕਈ ਵਾਰ ਵੜ ਜਾਂਦੇ ਨੇ ਅਜਿਹੇ ਇਕੱਠਾਂ ਦੇ ਵਿੱਚ ਜੀ ਜਦੋਂ ਇੱਥੇ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਜਿਹੜਾ ਕਿ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ? ਵੇਖੋ ਜੀ, ਇੱਕ ਚੀਜ਼ ਜਿਹੜੀ ਹੋ ਜਾਣੀ ਨਾ, ਇੱਕ ਪਾਸਾ ਪਲਟ ਜਾਣਾ, ਉਹ ਤਾਂ ਯੁੱਗ ਪਲਟਣ ਦੇ ਪ੍ਰਤੀਕ ਹੁੰਦਾ। ਜੇ ਇੱਥੇ ਮੰਨ ਲਓ ਦੁਨੀਆ ਤੇ ਇੱਕ ਬੰਦਾ ਵੀ ਕਿਸੇ ਦੂਜੇ ਕਿਸਮ ਦਾ ਹੈਗਾ ਤੇ ਉਹ ਮਤਲਬ ਹੁੰਦਾ ਵਾ। ਜੇ ਮੰਨ ਲਓ ਸਾਰੇ ਸੰਤੀ ਬਣ ਗਏ ਤੇ ਯੁੱਗ ਪਲਟੀ ਹੋ ਜਾਣਾ। ਜੇ ਸਾਰੇ ਚੋਰ ਬਣ ਗਏ ਤਾਂ ਵੀ ਯੁੱਗ ਪਲਟੀ ਹੋ ਜਾਣਾ। ਹਰ ਤਰ੍ਹਾਂ ਦੀ ਦੁਨੀਆ ਇੱਥੇ ਆਉਂਦੀ ਹੈ, ਠੀਕ ਨਹੀਂ? ਚੋਰ ਵੀ ਆਸਤਾ ਲੈ ਕੇ ਆਉਂਦਾ ਵੀ ਮੈਨੂੰ ਇੱਥੇ ਕੋਈ ਨਾ ਕੋਈ ਮਿਲ ਜੂਗਾ। ਹਰ ਬੰਦੇ ਦੀ ਆਸਤਾ ਹੁੰਦੀ ਆਪਣੀ ਆਪਣੀ, ਉਸ ਹਿਸਾਬ ਨਾਲ ਹਰ ਬੰਦਾ ਇੱਥੇ ਆਉਂਦਾ। ਲੈਣ ਵਾਸਤੇ ਆਉਂਦਾ, ਜੋ ਆਉਂਦਾ ਇੱਥੇ ਕੋਈ ਲੈਣ ਵਾਸਤੇ ਆਉਂਦਾ, ਦੇਣ ਵਾਸਤੇ ਕੋਈ ਕਿਸੇ ਨੂੰ ਨਹੀਂ ਆਉਂਦਾ। ਓਕੇ, ਥੈਂਕ ਯੂ। ਤਾਂ ਇੱਥੇ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਲੱਗੀ ਆ ਪਿਛਲੇ 3-4 ਦਿਨਾਂ ਤੋਂ ਇੱਥੇ ਨੇ। ਜਦੋਂ ਸ਼ਹੀਦੀ ਸਭਾ ਦੇ ਦਿਨ ਨੇੜੇ ਆਉਂਦੇ ਨੇ ਤਾਂ ਉਦੋਂ ਸੰਗਤਾਂ ਦੇ ਵਿੱਚ ਇੱਕ ਜਿਹੜਾ ਚਾਅ ਗਾ ਉਹ ਹੁੰਦਾ ਗਾ ਕਿ ਅੱਜ ਦੇ ਦਿਨ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੀ। ਤਾਂ ਇਹ ਵੀ ਇੱਕ ਇਤਿਹਾਸ ਦਾ ਹੀ ਅੰਗ ਆ ਜਿਹੜਾ ਕਿ ਗੱਤਕਾ ਖੇਡਿਆ ਜਾਂਦਾ। ਇਹ ਵੀ ਇੱਕ ਇਤਿਹਾਸ ਦਾ ਇੱਥੇ ਸੰਗਤ ਆ ਜਿਹੜੀ ਉਹ ਖੜੀ ਹੋਈ ਆ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇਹ ਤਸਵੀਰਾਂ
ਤੁਹਾਨੂੰ ਦਿਖਾਈਆਂ ਜਾਣ। ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜਿਹੜਾ ਕਿ ਸਾਹਮਣੇ ਆਵੇਗਾ। ਅਸੀਂ ਤੁਹਾਡੇ ਨਾਲ ਇੱਥੋਂ ਦੀਆਂ ਜਿਹੜੀਆਂ ਕਿ ਤਸਵੀਰਾਂ ਅੱਜ ਸਾਂਝੀਆਂ ਕਰਾਂਗੇ। ਸ਼ਹੀਦੀ ਸਭਾ ਦੀਆਂ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਕਿਸ ਤਰ੍ਹਾਂ ਜਿਹੜੀਆਂ ਕਿ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਜਿਹੜਾ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾ ਰਹੇ ਨੇ। ਨਿਹੰਗ ਸਿੰਘ ਫੌਜਾਂ ਦੇ ਵੱਲੋਂ ਜਿਹੜੀ ਕਿ ਆਪਣੀ ਕਲਾ ਗੀ ਉਹ ਇੱਥੇ ਦਰਸਾਈ ਜਾਂਦੀ ਆ, ਵਰਤਾਈ ਜਾਂਦੀ ਆ। ਤਾਂ ਇਹ ਗੁਰੂ ਦੀ ਕਲਾ ਗੀ ਇਸ ਧਰਤੀ ਦੇ ਉੱਪਰ, ਜਿਹੜੀ ਕਿ ਅਕਾਲ ਪੁਰਖ ਦੀ ਕਲਾ ਵਰਤਦੀ ਆ। ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ ਇਹ ਦਿਨ। ਜਦੋਂ ਕਿਹਾ ਗਿਆ ਕਿ ਇੱਕ ਮੰਤਵੀ ਬਿਗਲ ਵੱਜੂਗਾ ਤਾਂ ਫਿਰ ਸੰਗਤਾਂ ਨੇ ਦੱਸਿਆ ਕਿ ਮੰਤਵੀ ਬਿਗਲ ਨਹੀਂ ਹੁੰਦੇ, ਨਗਾਰੇ ਵੱਜਦੇ ਹੁੰਦੇ ਨੇ। ਚੜ੍ਹਦੀ ਕਲਾ ਦਾ ਪ੍ਰਤੀਕ ਸੀ ਉਦੋਂ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜੇ ਸੀ। ਉਦੋਂ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਭਾਣਾ ਮੰਨਿਆ ਸੀ। ਇਹ ਕਾਫੀ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਮੰਤਵੀ ਬਿਗਲ ਵੱਜਣਗੇ, ਇਹ ਹੋਊਗਾ, ਉਹ ਹੋਊਗਾ, ਪਰ ਇਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਜੀ। ਇਹ ਤਾਂ ਸ਼ੁਰੂ ਤੋਂ ਹੀ ਨੇ ਸਿੱਖ ਪੰਥ ਜੂਝਦਾ ਹੋਇਆ। ਸਿੱਖ ਪੰਥ ਜੂਝਣ ਕਰਕੇ ਖਾਲਸਾ ਜਕਾਰੇ ਚੱਲਦੇ ਨੇ, ਬਿਗਲ ਨਹੀਂ ਚੱਲਦੇ ਉਰੇ। ਖਾਲਸਾ ਜਾਂ ਬੋਲ ਵਾਲਾ ਹੁੰਦਾ, ਖਾਲਸੇ ਜਕਾਰੇ ਲੱਗਦੇ ਨੇ। ਕਿ ਇਹ ਮਾਹੌਲ ਨੂੰ ਜਦੋਂ ਦੇਖਦੇ ਹੋ ਮਨ ਨੂੰ ਇੱਕ ਰੁੱਗ ਵੀ ਭਰਿਆ ਜਾਂਦਾ, ਅੰਦਰੋਂ ਹੌਂਕਾ ਵੀ ਆਉਂਦਾ। ਚੜ੍ਹਦੀ ਕਲਾ ਇਹ ਸਾਡੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਛੋਟੀਆਂ ਜਿੰਦਾਂ ਵੱਡਾ ਸਾਕਾ। ਜਦੋਂ ਆਪਣੀ ਦੇਖੋ ਜਿੰਦ ਕੁਛ ਨਹੀਂ ਹੁੰਦੀ ਬੰਦੇ ਦੀ, ਜਿਹੜਾ ਅੰਦਰ ਹੈ, ਅੰਦਰ ਦੀ ਆਤਮਾ ਹੈ ਜਾਂ ਸਾਡੀ ਅੰਦਰ ਉਹਨਾਂ ਦੀ ਕੀ ਸਾਹਿਬਜ਼ਾਦਿਆਂ ਦੀ ਆਤਮਾ ਮਾਰਨੀ ਚਾਹੁੰਦੇ ਸੀਗੇ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾਂਦੇ ਨੇ। ਇੱਧਰ ਤਸਵੀਰ ਦਿਖਾ। ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ। ਤਾਂ ਦੇਖ ਰਹੇ ਹੋ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਵਾਰੀ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ। ਕਿੰਨੀ ਉਮਰ ਆ ਬਜ਼ੁਰਗੋ ਤੁਹਾਡੀ? 65 ਤੋਂ ਉੱਪਰ ਆ ਜੀ। 65 ਤੋਂ ਉੱਪਰ। ਹਾਂਜੀ। ਬਾਬਾ ਦੀਪ ਸਿੰਘ ਦੀ ਯਾਦ ਦਿਵਾਤੀ ਆ ਜਦੋਂ ਬਾਬਾ ਦੀਪ ਸਿੰਘ ਨੇ ਖੰਡੇ ਦੀ ਗੱਲ ਕੀਤੀ, ਕਿਹਾ ਕਿ ਜਿਹੜੇ ਨੂੰ ਜਾਨ ਪਿਆਰੀ ਆ ਉਹ ਇਸ ਲਕੀਰ ਤੋਂ ਪਿੱਛੇ ਮੁੜ ਜਾਓ, ਜਿਨ੍ਹਾਂ ਨੂੰ ਗੁਰੂ ਪਿਆਰਾ ਉਹ ਅੱਗੇ ਆ ਜਾਓ। ਸਹੀ ਹੈ ਜੀ। ਅੱਜ ਜਦੋਂ ਤੁਸੀਂ ਗੱਤਕਾ ਖੇਡ ਰਹੇ ਸੀ ਤਾਂ ਉਹ ਯਾਦ ਆ ਗਈ, ਉਹ ਕਥਾ ਜਿਹੜੀ ਉਹ ਕਹਾਣੀ ਆ। ਇਹ ਜਦਾ ਹੀ ਯਾਦ ਆ ਸਿੰਘਾਂ ਨੂੰ, ਸਿੰਘਾਂ ਦੇ ਹਿਰਦੇ ਵਿੱਚ ਜਿੰਨੇ ਗੱਤਕੇ ਸਭ ਦੇ ਹਿਰਦੇ ਤੋਂ ਬਾਹਰ ਕਿਤੇ ਨਹੀਂ ਗਏ। ਮਹਾਰਾਜ ਨਾਲ ਹੀ ਨੇ। ਦੇਖ ਸਕਦੇ ਹੋ ਕਿ ਜੀ ਬਈ ਜਿਨ੍ਹਾਂ ਜਨਮ ਲਿਆ ਖੰਡੇ ਦੀ ਧਾਰ ਵਿੱਚੋਂ, ਉਹਨਾਂ ਸਿੰਘਾਂ ਨੇ ਪੁੱਤ ਸਰਦਾਰ ਜੰਮਣੇ। ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ, ਕਈ ਅਜੀਤ ਜੰਮਣੇ, ਕਈ ਜੁਝਾਰ ਜੰਮਣੇ। ਸਿੱਖ ਕੌਮ ਨਾ ਕਿਸੇ ਦੀ ਈਨ ਮੰਨੇ, ਇਹਨਾਂ ਪੰਡ ਗੁਲਾਮੀ ਦੀ ਚੁੱਕਣੀ ਰਹੀ। ਇਹਨਾਂ ਨੂੰ ਮਾਰਦਿਆਂ ਮੁੱਕ ਗਈ ਕੁੱਲ ਦੁਨੀਆ, ਇਹ ਕਿਸੇ ਦੇ ਮਾਰਿਆ ਮੁੱਕਣੀ ਰਹੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹੀ ਇੱਕ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਹ ਜੋ ਗੱਤਕਾ ਖੇਡਿਆ ਜਾਂਦਾ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਸ ਨੂੰ ਦੇਖ ਕੇ
ਇਹ ਕਿਹਾ ਜਾਂਦਾ ਕਿ ਜਿਸ ਦੀ ਰਗਾਂ ਦੇ ਵਿੱਚ ਖੂਨ ਖੋਲਣ ਲੱਗ ਜਾਂਦਾ। ਤੁਸੀਂ ਦੇਖ ਸਕਦੇ ਹੋ ਇੱਥੇ ਪੁਰਾਤਨ ਸ਼ਾਸਤਰ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇੱਥੇ ਸ਼ਾਸਤਰ ਨੇ ਉਹ ਵੀ ਨਾਲ ਦਿਖਾਏ ਜਾਂਦੇ ਨੇ, ਨਾਲ ਉਹਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਆ। ਤਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਆਉਂਦੀਆਂ ਨੇ ਤੁਕਾਂ ਕਿ ਸ਼ਾਸਤਰ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕੋਈ ਕਿਸੇ ਕੋ ਰਾਜ ਨਾ ਦੇਹੋ, ਜੋ ਲੇਹੋ ਨਿਜ ਵੱਲ ਸੇ ਲੇਹੋ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਜੋ ਭਾਰੀ ਇਕੱਠ ਆ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ। ਤਾਂ ਅੱਗੇ ਪਿਛਲੇ ਪਾਸੇ ਬਹੁਤ ਸਾਰੀ ਜਿਹੜੀ ਕਿ ਸੰਗਤ ਆ ਉਹ ਚੱਲਦੀ ਅੱਗੇ ਜਾ ਰਹੀ ਆ। ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ। ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ। ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਆ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਚਿਣ ਰਹੇ ਨੇ ਜਿਹੜੇ ਜਲਾਦ ਨੇ, ਉਹ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣ ਰਹੇ ਨੇ। ਤਾਂ ਇਹ ਤਸਵੀਰ ਬਹੁਤ ਕੁਝ ਆ ਜਿਹੜਾ ਕਿ ਬਿਆਨ ਕਰਦੀ ਆ। ਇਸ ਦੇ ਉੱਪਰ ਗੁਰਬਾਣੀ ਦੀਆਂ ਤੁਕਾਂ ਜੋ ਲਿਖੀਆਂ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਜ ਨਾ ਕੀਜੇ। ਤਾਂ ਇਹ ਤਸਵੀਰਾਂ ਦੇ ਵਿੱਚ ਜੋ ਕੁਝ ਬਿਆਨ ਹੁੰਦਾ ਤਾਂ ਹੂਬਹੂ ਉਹ ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਬਿਲਕੁਲ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ ਜਦੋਂ ਇਹ ਦਿਨ ਚੱਲਦੇ ਨੇ। ਜਦੋਂ ਅਸੀਂ ਉਸ ਦਰਬਾਰ ਸਾਹਿਬ ਉਸ ਕੰਧ ਦੇ ਕੋਲ ਜਾਂਦੇ ਆ ਤਾਂ ਵਜੀਦੇ ਖਾਨ ਦੀਆਂ ਤਸਵੀਰਾਂ ਆਉਂਦੀਆਂ ਨੇ ਸਾਹਮਣੇ ਕਿ ਕਿਸ ਤਰ੍ਹਾਂ ਦੇ ਜ਼ਾਲਮ ਸੀ ਉਸ ਸਮੇਂ ਦੀ ਹਕੂਮਤ, ਕਿਸ ਤਰ੍ਹਾਂ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੇ ਚੜ੍ਹਦੀ ਕਲਾ ਦੇ ਜਕਾਰੇ ਛੱਡੇ ਸੀ। ਉਦੋਂ ਵੀ ਕਹਿੰਦੇ ਸੀ ਕਿ ਸੂਬਿਆ ਸਾਨੂੰ ਤੇਰੀ ਈਨ ਪਿਆਰੀ ਨਹੀਂ, ਸਾਨੂੰ ਗੁਰੂ ਪਿਆਰਾ ਤੇ ਸਾਨੂੰ ਕੌਮ ਪਿਆਰੀ ਆ। ਇਸ ਨੀਹਾਂ ਦੇ ਵਿੱਚ ਜਿਹੜੀ ਨੀਂਹ ਧਰ ਕੇ ਗਏ ਨੇ ਸਿੱਖੀ ਦੀ, ਤਾਂ ਉਹ ਸਦਾ ਤੱਕ ਜਿਹੜੀ ਕਿ ਉਮਰਾਂ ਤੱਕ ਰਹਿੰਦੀ, ਦੁਨੀਆ ਤੱਕ ਰਹਿਣੀ ਆ। ਇਹ ਤਸਵੀਰ ਨੂੰ ਦੇਖ ਕੇ ਕੀ ਆਉਂਦਾ ਮਨ ਦੇ ਵਿੱਚ? ਇਹ ਤਸਵੀਰਾਂ ਦੇਖ ਰਹੇ ਹੋ ਪਾਸੇ ਤੇ, ਇਹਨਾਂ ਨੂੰ ਦੇਖ ਕੇ ਕੀ ਅੱਖਾਂ ਦੇ ਮੂਹਰੇ ਕੀ ਆ ਰਿਹਾਗਾ, ਦਿਲ ਦੇ ਵਿੱਚ ਕੀ ਆ ਰਿਹਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਦੁੱਖ ਹੁੰਦਾ ਜੀ ਜਿਨ੍ਹਾਂ ਦੇ ਬੱਚਿਆਂ ਦੇ ਇੰਨਾ ਕਹਿਰ ਗੁਜ਼ਰਿਆ ਜੀ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀਆਂ ਕਿ ਅੱਜ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਕਿੰਨੀ ਉਮਰ ਆ ਤੁਹਾਡੀ? ਕਿਹੜੇ ਸਕੂਲ 'ਚ ਪੜ੍ਹਦੇ ਹੋ? ਸੇਂਟ ਇੰਡਨ ਗਾਰਡਨ। ਅੱਜ ਇੱਥੇ ਖਾਲਸੇ ਦੇ ਬੋਲਬਾਲੇ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਨਗਰ ਕੀਰਤਨ ਛੋਟੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ। ਯਾਦ ਆਉਂਦੀ ਆ ਛੋਟੇ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ? ਹਾਂਜੀ। ਕੀ ਨਾਮ ਕੀ ਆ ਤੁਹਾਡਾ? ਗੁਰਲੀਨ ਕੌਰ। ਗੁਰਲੀਨ ਕੌਰ। ਸਾਹਿਬਜ਼ਾਦਿਆਂ ਦੇ ਨਾਮ ਚਾਰਾਂ ਦੇ ਪਤਾ ਯਾਦ ਨੇ? ਬਾਬਾ ਜਰੋਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੁਰਾਰ ਸਿੰਘ ਜੀ। ਤਾਂ ਇਹ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਇਤਿਹਾਸ ਪੜ੍ਹਾਵਾਂਗੇ ਤਾਂ ਇਹਨਾਂ ਨੇ ਵੱਡੇ ਹੋ ਕੇ ਆਪਣੇ ਗਾਹਾਂ ਪੀੜ੍ਹੀਆਂ ਨੂੰ ਇਤਿਹਾਸ ਦੱਸਣਾ। ਇਹ ਇਤਿਹਾਸ ਆ ਜਿਹੜਾ ਕਿ ਜੁਗਾਂ ਤੱਕ ਚੱਲਦਾ ਰਹਿਣਾ। ਜੁਗੋ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦਕਾ, ਜਿਹੜੀ ਕਿ ਪ੍ਰੇਰਨਾ ਸਦਕਾ ਇਹ ਇਤਿਹਾਸ ਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜਿਹੜੇ ਬੱਚੇ ਨੇ ਇੱਥੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਉਹ ਪਹੁੰਚੇ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕਿ ਵੱਡੀ ਸੰਗਤ ਦਾ ਵੱਡਾ ਇਕੱਠ ਜਿਹੜਾ ਕਿ ਠਾਠਾਂ ਮਾਰਦਾ। ਬਾਬਾ ਜੀ ਕਿਵੇਂ ਅਸੀਂ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਕ ਇੱਥੇ ਬਰਾਗ ਮਨਾਈਏ ਜਾਂ ਚੜ੍ਹਦੀ ਕਲਾ ਦੇ ਜਕਾਰੇ ਛੱਡੀਏ? ਇਹ ਦੋਨਾਂ ਵਿੱਚ ਕੁਝ ਵੀ ਕਹਿ ਸਕਦੇ ਆ ਮਹਾਰਾਜ। ਇੱਕ ਬਰਾਗ ਦੇ ਵੀ ਜਕਾਰੇ ਬੱਲੇ ਜਾ ਸਕਦੇ ਨੇ ਤੇ ਖੁਸ਼ੀ ਦੇ ਵੀ ਜਕਾਰੇ ਜੀ। ਖੁਸ਼ੀ ਦੇ ਐਂਚਨ ਜੀ ਜੋ ਸ਼ਹੀਦੀ ਛੋਟੇ ਸਾਹਿਬਜ਼ਾਦੇ ਨੇ ਪਾਈ ਹੈ ਸਾਡੇ ਲਈ, ਉਹ ਕੋਈ ਨਹੀਂ ਜ਼ਿੰਦਗੀ 'ਚ ਪਾ ਸਕਦਾ ਮਹਾਰਾਜ। ਉਹ ਬਰਾਗ ਹਾਂਜੀ ਖੁਸ਼ੀ ਦੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਹਮੇਸ਼ਾ ਹੀ ਰਹੂਗੀ ਜੀ। ਮੰਤਮੀ ਬਿਗਲ ਵਜਾਉਣ ਦੀਆਂ ਗੱਲਾਂ ਹੋਈਆਂ, ਮੁੱਖ ਮੰਤਰੀ ਕਹਿੰਦੇ ਮੰਤਮੀ ਬਿਗਲ ਵਜਾਇਆ ਜਾਊਗਾ। ਮੰਤਮ ਤਾਂ ਨਹੀਂ ਮਨਾਇਆ ਕਦੇ? ਨਹੀਂ ਜੀ, ਨਹੀਂ ਖਾਲਸੇ ਨੇ ਕਦੇ ਨਹੀਂ ਮਨਾਇਆ ਜੀ।
ਚੜ੍ਹਦੀ ਕਲਾ 'ਚ ਰਿਹਾ ਤਾਂ ਚੜ੍ਹਦੀ ਕਲਾ 'ਚ ਹੀ ਰਹੇਗਾ ਜੀ। ਬਿਲਕੁਲ ਹਾਂਜੀ। ਤਾਂ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਜੋ ਇੱਥੇ ਸੰਗਤ ਅੱਜ ਪਹੁੰਚੀ ਆ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਇਸ ਧਰਤੀ ਤੇ ਲਿਆਂਦਾ ਗਿਆ, ਇਸ ਜਗ੍ਹਾ ਤੇ ਲਿਆਂਦਾ ਗਿਆ, ਤਾਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਬੜੀਆਂ ਜਿਹੜੀਆਂ ਕਿ ਕਹਾਣੀਆਂ, ਬੜਾ ਜਿਹੜਾ ਕਿ ਇਤਿਹਾਸ ਪਿਆ, ਜਿਸ ਨੂੰ ਫਰੋਲਦੇ ਆ ਤਾਂ ਬੜਾ ਕੁਝ ਜਿਹੜਾ ਕਿ ਨਿਕਲਦਾ ਵਾ। ਇਤਿਹਾਸ ਦੇ ਵਿੱਚੋਂ ਬਹੁਤ ਕੁਝ ਆ ਜਿਹੜਾ ਕਿ ਸਿੱਖਣਾ ਬਾਕੀ ਆ। ਜਦੋਂ ਇਤਿਹਾਸ ਨੂੰ ਅਸੀਂ ਫਰੋਲਦੇ ਆ ਤਾਂ ਇਤਿਹਾਸ ਦੇ ਵਿੱਚੋਂ ਬਹੁਤ ਕੁਝ ਅਜਿਹੇ ਤੱਥ ਸਾਹਮਣੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਜਾਂ ਜਿਨ੍ਹਾਂ ਨੂੰ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੜ੍ਹ ਕੇ ਇਹ ਲੱਗਦਾ ਕਿ ਇਸ ਕੌਮ ਦੇ ਸਿਰ ਸ਼ਾਇਦ ਇਹੀ ਕੁਝ ਲਿਖਿਆ। ਇਸ ਕੌਮ ਨੇ ਰਾਜ ਵੀ ਕੀਤਾ ਤੇ ਇਸ ਕੌਮ, ਤੁਸੀਂ ਦੇਖੋ ਕਿ ਜਵਾਨ ਨੇ ਬਈ ਇੱਥੇ ਸਵਾਗਤ ਦੇ ਲਈ ਖੜੇ ਹੋ। ਯਾਦ ਦੇ ਵਿੱਚ ਇੱਕ ਨਗਰ ਕੀਰਤਨ ਆ ਜਿਹੜਾ ਕਿ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਬਰਨਾਲਾ ਸ਼ਹਿਰ ਤੋਂ। ਬਰਨਾਲੇ ਤੋਂ? ਹਾਂ ਜੀ। ਮੇਰੇ ਵਾਲੀ ਸਾਈਡ ਤੋਂ ਆਏ ਹੋ। ਕਿਹੜਾ ਪਿੰਡ ਆ? ਧਨੌਲਾ। ਇਹ ਮੇਰੇ ਪਿੰਡਾਂ ਵੱਲ ਦੇ ਨੇ ਨੌਜਵਾਨ। ਮੇਰੇ ਪਿੰਡਾਂ ਵੱਲੋਂ ਬੜੀ ਸੰਗਤ ਆਉਂਦੀ ਆ, ਤੁਹਾਨੂੰ ਦੱਸ ਦਈਏ ਕਿ ਉਧਰਲੀ ਸਾਈਡ ਤੋਂ ਬੜੀ ਸੰਗਤ ਆਉਂਦੀ ਆ। ਟਰੈਕਟਰਾਂ ਤੇ ਆਏ ਹੋ? ਹਾਂਜੀ, ਟਰੈਕਟਰਾਂ ਤੇ। ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ? ਸਾਨੂੰ ਅਸੀਂ 24 ਤਰੀਕ ਦੇ ਆਏ ਹਾਂ। 24 ਤਰੀਕ ਦੇ। ਅੱਜ ਇੱਥੇ ਕੀ ਭਰਨ ਕਰਕੇ ਜਾਓਗੇ? ਜਿਵੇਂ ਨਾਈ ਦੀ ਦੁਕਾਨ ਤੇ ਜਾਂਦੇ ਹੋ, ਕੇਸ ਦਾੜੀ ਕਤਲ ਕਰਵਾਉਣੇ ਹੋ, ਨਹੀਂ ਕਰਵਾਉਂਦੇ? ਕੋਈ ਹੈ ਦਿਲ ਦੇ ਵਿੱਚ? ਨਹੀਂ ਨਹੀਂ, ਹਲੇ ਕੋਈ ਮਨ ਨਹੀਂ ਬਣਿਆ ਨਾ। ਜਦੋਂ ਬਾਬੇ ਨੇ ਚਾਹਿਆ ਕੋਈ ਨਹੀਂ, ਅੰਮ੍ਰਿਤ ਛਕ ਲਾਂਗੇ। ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਮਿਹਰ ਹੋਵੇ, ਵਾਹਿਗੁਰੂ ਇਹਨਾਂ ਤੇ ਮਿਹਰ ਕਰੇ। ਕਿ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਨਗਰ ਕੀਰਤਨ ਗੁਜ਼ਰ ਰਿਹਾ, ਇਹ ਤੁਹਾਡੇ ਨਾਲ ਨੇ ਨੌਜਵਾਨ। ਤੇ ਕਿੰਨੇ ਦਿਨ ਹੋ ਗਏ ਇੱਥੇ ਆਇਆਂ ਨੂੰ? ਹੋ ਗਏ 2 ਦਿਨ ਹੋ ਗਏ ਜੀ। 2 ਦਿਨ ਹੋ ਗਏ। ਇੱਥੇ ਸੇਵਾ ਕਰਨ ਆਉਣੇ ਹੋ? ਹਾਂ, ਸੇਵਾ ਕਰਨੀ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰਦੇ ਆ। ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਹੜੀ ਕਿ ਸੰਗਤ ਆ ਇਸ ਜਗ੍ਹਾ ਤੇ ਪਹੁੰਚੀ ਆ। ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰੀਏ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਹ ਪੰਜ ਪਿਆਰਿਆਂ ਦੀ ਯਾਦ ਦਿਵਾ ਰਹੀਆਂ ਤਸਵੀਰਾਂ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਅੱਗੇ ਆਉਂਦਾ। ਤਾਂ ਅੱਜ ਕੋਸ਼ਿਸ਼ ਕਰਾਂਗੇ ਕਿ ਪੂਰੀ ਦੀ ਪੂਰੀ ਜਿਹੜੀ ਕਿ ਤਸਵੀਰ ਆ ਤੁਹਾਡੇ ਸਨਮੁਖ ਕਰੀ ਜਾਵੇ, ਤੁਹਾਡੇ ਰੂਬਰੂ ਕਰੀ ਜਾਵੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਜਿਹੜਾ ਕਿ ਸਾਹਮਣੇ ਆਵੇਗਾ, ਜਿਹੜਾ ਕਿ ਇਹ ਦੱਸੇਗਾ ਕਿ ਉਸ ਵਕਤ ਚੜ੍ਹਦੀ ਕਲਾ ਦੇ ਜਕਾਰੇ ਗੂੰਜੇ ਤੇ ਅੱਜ ਵੀ ਉਹ ਜਕਾਰੇ ਜਿਉਂ ਦੀ ਤਿਉਂ ਗੂੰਜ ਰਹੇ ਨੇ। ਕਿਹੜੇ ਥਾਂ ਤੋਂ ਆਏ ਹੋ ਤੁਸੀਂ? ਹੈਂ? ਕਿਹੜੇ ਥਾਂ ਤੋਂ ਆਏ ਹੋ? ਅਸੀਂ ਦੋਸੀ ਪਠਾਣਾ ਤੋਂ ਜੀ। ਇਹ ਇੱਥੇ ਪਹੁੰਚੇ ਹੋ, ਕਿੱਦਾਂ ਦਾ ਮਹਿਸੂਸ ਕੀ ਹੋ ਰਿਹਾ ਇਸ ਜਗ੍ਹਾ ਨੂੰ ਦੇਖ ਕੇ? ਕੀ ਮਹਿਸੂਸ ਕੀ ਕਰਦੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਿੰਨੇ ਉਹ ਕੁਰਬਾਨੀ ਕੀਤੀ ਹੈ ਜਿਨ੍ਹਾਂ ਨੇ, ਵੀ ਉਹ ਕਿੰਨੇ ਮਹਾਨ ਸ਼ਖਸੀਅਤਾਂ ਨੇ। ਤਾਂ ਅੱਜ ਕਿੰਨੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣੇ ਆ ਉਹ ਦਿਨ। ਤਾਂ ਇਹ ਠੀਕ ਹੋ? ਇਹ ਠੀਕ ਹੋ? ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਇੱਥੋਂ ਜਿਹੜਾ ਕਿ ਪਿੱਛੇ ਚੱਲਦੇ ਹਾਂ। ਤਾਂ ਜਦੋਂ ਤਸਵੀਰ ਤੁਹਾਨੂੰ ਦਿਖਾਉਂਦੇ ਆ ਪਿਛਲੀ ਤਾਂ ਬਹੁਤ ਕੁਝ ਜਿਹੜਾ ਕਿ ਸਾਹਮਣੇ ਆ ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਟੱਲ ਨੇ ਤੇ ਟੱਲ ਰਹਿਣੇ ਆ।
ਇਹਨਾਂ ਝੰਡਿਆਂ ਦੇ ਨਾਲ ਪ੍ਰਤੀਕ ਹੁੰਦਾ ਕਿ ਚੜ੍ਹਦੀ ਕਲਾ ਵਾਲਾ ਦਿਨ ਹੈ। ਅਸੀਂ ਤੁਹਾਨੂੰ ਇਹ ਤਸਵੀਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਤੇ ਜੁਗਾਂ ਜੁਗਾਂ ਤੱਕ ਇਹ ਸਾਕੇ ਜਿਉਂਦੇ ਰਹਿਣੇ ਆ। ਜਦੋਂ ਵੀ ਇਹ ਦਿਨ ਆਵੇਗਾ ਤਾਂ ਉਦੋਂ ਹੀ ਖਾਲਸਾ ਪੰਥ ਇੱਥੇ ਇਕੱਠਾ ਹੋਵੇਗਾ ਤੇ ਝੰਡੇ ਬੁੰਗੇ ਜੁਗੋ ਜੁਗ ਅਟੱਲ ਦਾ ਜਿਹੜਾ ਕਿ ਪ੍ਰਤੀਕ ਆ ਉਹ ਸਾਂਝਾ ਕਰਦਾ ਰਹੇਗਾ। ਤਾਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਸਿੰਘ ਸਾਹਿਬ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਨੂੰ ਇਹ ਦੇਖੋ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਅੱਜ ਸਾਡਾ ਉਹ ਸ਼ੁਭ ਦਿਹਾੜਾ ਹੈ ਜਿਸ ਤੋਂ ਸਾਨੂੰ ਸਿੱਖੀ ਦੀ ਪ੍ਰੇਰਨਾ ਮਿਲਦੀ ਹੈ, ਜਿੱਥੇ ਸਾਡੇ ਸਿੱਖੀ ਦੇ ਬੂਟੇ ਨੂੰ ਖੂਨ ਨਾਲ ਸਿੰਚਿਆ ਗਿਆ ਹੈ। ਅੱਜ ਜੋ ਸਿੰਚੇ ਬੂਟੇ ਦੀ ਅੱਜ ਤੁਸੀਂ ਸ਼ਾਨ ਮਾਣ ਦੇਖ ਰਹੇ ਹੋ। ਸੰਗਤ ਇਸ ਨੂੰ ਅਫਸੋਸ ਨਾਲ ਮਨਾਉਂਦੀ, ਅਫਸੋਸ ਨਹੀਂ, ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅੱਜ ਜਿੰਨੀ ਵੀ ਸੰਗਤ ਸਾਡੇ ਨਾਲ ਆਈ ਹੈ ਇਹ ਖਾਲਸਾ ਪ੍ਰਚਾਰ ਜਥਾ ਪਟਿਆਲਾ ਤੋਂ ਔਰ ਪਾਣੀਪਤ ਤੋਂ ਆਈ ਹੈ, ਜਿਹੜੀ ਕਿ ਇਸ ਨਗਰ ਕੀਰਤਨ 'ਚ ਦੀ ਸ਼ੋਭਾ ਵਧਾਉਣ ਵਾਸਤੇ ਆਈ ਹੈ। ਇਹ ਸਥਾਨ ਸਭ ਤੋਂ ਪਵਿੱਤਰ ਸਥਾਨ ਹੈ, ਜਿੱਥੇ ਸਾਡੇ ਦੋ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਬਲੀਦਾਨ ਦੇ ਕੇ ਇਸ ਧਰਤੀ ਨੂੰ ਸਿੰਚਿਆ ਹੈ, ਜਿਸ ਨਾਲ ਅੱਜ ਖਾਲਸਾ ਪ੍ਰਫੁੱਲਤ ਹੋ ਰਿਹਾ ਹੈ ਤੇ ਅੱਗੋਂ ਹੋਰ ਵੀ ਹੋਏਗਾ। ਸੋ ਮੈਂ ਖਾਲਸਾ ਜੀ ਨੂੰ ਬੇਨਤੀ ਕਰਦਾ ਹਾਂ, ਇੱਕ 35 ਅੱਖਰੀ ਬਣਾਈ ਹੈ ਕਾਰਡ ਤੇ, ਜਿਸ ਨਾਲ ਊੜਾ ਐੜਾ ਈੜੀ ਸੱਸਾ ਸਾਰਾ ਦਿੱਤਾ ਗਿਆ ਹੈ ਤੇ ਉਹ ਸੰਗਤਾਂ ਨੂੰ ਇਸ ਦੇ ਮੁਤਾਬਕ ਚੱਲਣਾ ਚਾਹੀਦਾ ਤਾਂ ਕਿ ਸਾਨੂੰ ਪੰਜਾਬੀ ਵੀ ਆਵੇ ਤੇ ਸਾਨੂੰ ਇਹਦੇ ਹਰ ਇੱਕ ਲਫ਼ਜ਼ ਦੇ ਨਾਲ ਸਿੱਖੀ ਦਾ ਮਾਰਗ ਵੀ ਅਪਣਾਈਏ। ਇਹਨਾਂ ਕਹਿ ਕੇ ਮੈਂ ਆਪ ਨੂੰ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹਨਾਂ ਨੇ 35 ਲਿਖੀ ਆ, ਇਹ ਨਾਨਕਸ਼ਾਹੀ ਕੈਲੰਡਰ ਆ। ਇਸ ਦੇ ਵਿੱਚ ਜੋ ਅੱਜ ਕੱਲ੍ਹ ਦੇ ਕੈਲੰਡਰ ਨੇ ਉਹ ਕੈਲੰਡਰ ਕੁਝ ਹੋਰ ਨੇ, ਉਹ ਅੰਗਰੇਜ਼ਾਂ ਦੇ ਦਿੱਤੇ ਹੋਏ ਕੈਲੰਡਰ ਨੇ, ਪਰ ਸਿੱਖ ਕੌਮ ਦਾ, ਸਿੱਖ ਪੰਥ ਦਾ ਇਹੋ ਹੀ ਕੈਲੰਡਰ ਆ। ਇਸ ਦੇ ਵਿੱਚ ਦੇਸੀ ਮਹੀਨੇ ਨੇ, ਇਸ ਦੇ ਵਿੱਚ ਪੋਹ, ਮਾਘ, ਜੇਠ, ਹਾੜ, ਸੌਣ, ਭਾਦੋਂ ਅਜਿਹਾ ਕੁਛ ਆ। ਤੇ ਗੁਰਮੁਖੀ ਦੇ ਵਿੱਚ ਜਿਹੜੇ ਕਿ ਇਹਦੇ ਦਿਨ ਲਿਖੇ ਹੋਏ ਨੇ ਤੇ ਗੁਰਮੁਖੀ ਦੇ ਵਿੱਚ ਹੀ ਜਿਹੜੀ ਕਿ ਅੱਖਰ ਲਿਖੇ ਹੋਏ ਨੇ। ਤਾਂ ਜਿਹੜੀ 35 ਦੀ ਗੱਲ ਕਰ ਰਹੇ ਸੀ ਬਜ਼ੁਰਗ, ਉਹ 35 ਉਹ ਸਾਨੂੰ ਗੁਰੂਆਂ ਨੇ ਦਿੱਤੀ ਆ, ਉਹ ਸਾਡੇ ਗੁਰੂਆਂ ਦੀ ਆ, ਉਹ ਵੀ ਇਸ ਦੇ ਵਿੱਚ ਲਿਖੀ ਹੋਈ ਆ। ਊੜੇ ਤੋਂ ਲੈ ਕੇ ਡਾੜੇ ਤੱਕ ਜੋ ਉਸ ਦੇ ਮਤਲਬ ਨਿਕਲਦੇ ਨੇ ਸਿੱਖ ਪੰਥ ਦੇ ਵਿੱਚ, ਉਹ ਇਸ ਦੇ ਵਿੱਚ ਮੌਜੂਦ ਨੇ। ਤਾਂ ਅਸੀਂ ਰੱਖ ਸਕਦੇ ਹਾਂ। ਤਾਂ ਅਸੀਂ ਮੰਗ ਕੇ ਲੈਤੀ ਆ, ਇੱਕ ਕੈਲੰਡਰ ਲੈਤਾ ਇਹਨਾਂ ਤੋਂ। ਇਹ ਤਸਵੀਰਾਂ, ਇਹ ਕਿੰਨੀ ਉਮਰ ਦੇ ਆ? ਇਹ 1 ਸਾਲ ਦੇ ਜੀ। 1 ਸਾਲ ਦੇ ਆ। ਕਿੰਨਾ ਕੁ ਚਾਅ ਹੁੰਦਾ, ਕਿੰਨਾ ਕੁ ਖੁਸ਼ ਹੁੰਦੇ ਨੇ ਜਦੋਂ ਇਹਨਾਂ ਦੇ ਸਿਰ ਤੇ ਦਸਤਾਰ ਸਜਾਉਣੇ? ਬਹੁਤ ਖੁਸ਼ ਹੁੰਦੇ, ਬਹੁਤ ਖੁਸ਼ ਹੁੰਦੇ ਆ। ਦੇਖ ਠੀਕ ਹੋ? ਬੋਲਦੇ ਨੇ ਇਹ? ਨਹੀਂ, ਹਾਲੇ ਤਾਂ ਨਹੀਂ ਬੋਲਦੇ। ਹਾਲੇ ਬੋਲਣ ਨਹੀਂ ਲੱਗੇ। ਤਾਂ ਇਹ ਦੇਖ ਸਕਦੇ ਹੋ, ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਨੂੰ ਚੱਲ ਕੇ ਹੋਰ ਵੀ ਸਾਂਝੀਆਂ ਕਰਾਂਗੇ, ਕਿਉਂਕਿ ਇਹ ਸਿੰਘ ਸਜੇ ਹੋਏ ਨੇ। ਇਹ ਖਾਲਸਾ ਪੰਥ ਦੀ ਤਸਵੀਰ ਆ, ਇੱਕ ਜਿਹੜੀ ਕਿ ਕੌਮ ਦੀ ਤਸਵੀਰ ਆ, ਇੱਕ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਅਟੱਲ ਸੀ ਤੇ ਅਟੱਲ ਰਹਿਣੇ ਆ। ਇਹਨਾਂ ਦੇ ਉੱਪਰ ਬੜੇ ਸਵਾਲ ਖੜੇ ਹੁੰਦੇ ਨੇ, ਝੰਡੇ ਬੁੰਗਿਆਂ ਦੇ ਉੱਪਰ ਬੜਾ ਕੁਝ ਬੋਲਦੇ ਨੇ ਵਿਰੋਧੀ ਧਿਰਾਂ। ਕਿਵੇਂ ਦਾ ਲੱਗਦਾ ਸਿੰਘ ਸਾਹਿਬ ਅੱਜ ਦਾ ਜੋ ਦਿਨ, ਅੱਜ ਦਾ ਜੋ ਦਿਹਾੜਾ ਹੈਗਾ? ਚੜ੍ਹਦੀ ਕਲਾ ਰਹੇਗੀ ਸਦਾ ਹੀ, ਸਦਾ ਹੀ ਚੜ੍ਹਦੀ ਕਲਾ। ਆ ਉਹਨਾਂ ਦੀ ਖੇਡ ਹੈ ਸਾਰੀ। ਅੱਜ ਜੋ ਹੋ ਰਿਹਾ ਉਹਨਾਂ ਦੀ ਬਦੌਲਤ ਹੋ ਰਿਹਾ, ਹੋਰ ਨਹੀਂ। ਰਹੇਗੀ ਵੀ ਇਸ ਨਹੀਂ, ਇੱਦਾਂ ਨਹੀਂ ਦੀ ਦੁਨੀਆ ਤੱਕ ਰਹੇਗੀ। ਜਦੋਂ ਧਰਤੀ ਸਮਾਨ ਰਹੇਗਾ ਉਹਨਾਂ 'ਚ ਰਹੇਗੀ। ਤਾਂ ਇਹ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੇ ਸਾਕੇ ਹੋਏ ਨੇ ਇੱਥੇ। ਦੇਖ ਸਕਦੇ ਹੋ, ਇਹ ਤਸਵੀਰ ਦਿਖਾ। ਇਹ ਜਿਹੜੇ ਕਹਿੰਦੇ ਨੇ ਕਿ ਸ਼ਾਸਤਰਾਂ ਨਾਲ ਕਿਉਂ ਪਿਆਰ ਕਰਦੇ ਆ, ਇਹ ਪੰਜਾਬ ਦੇ ਖੂਨ ਦੇ ਵਿੱਚ ਆ, ਪੰਜਾਬ ਦੇ ਜਹਨ ਦੇ ਵਿੱਚ ਆ। ਇਹ ਤਸਵੀਰ ਹੀ ਅਜਿਹੀ ਆ ਕਿ ਜਿਹੜੀ ਸ਼ਾਸਤਰਾਂ ਦੇ ਵਿੱਚੋਂ ਜੰਮੀ ਆ ਤੇ ਸ਼ਾਸਤਰਾਂ ਦੇ ਵਿੱਚ ਹੀ ਅਲੋਪ ਹੋ ਜਾਣਾ ਇਸ ਤਸਵੀਰ ਨੇ। ਅਸੀਂ ਤੁਹਾਡੇ ਨਾਲ ਇਸੇ ਕਰਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਥੋੜਾ ਸਾਨੂੰ ਦਿਖਾ ਦਿਓਗੇ, ਅਸੀਂ ਕਵਰ ਕਰ ਲਈਏ। ਥੋੜਾ
ਮਾੜਾ ਜਿਹਾ ਅਸੀਂ ਕਰ ਲਈਏ ਕਵਰ ਬਾਬਾ, ਪਿੱਛੇ ਨੂੰ ਹੀ ਮਾੜਾ ਜਿਹਾ। ਇਹ ਆ ਜੋਰ ਗੱਤਕੇ ਦੇ। ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿ ਇੱਥੇ ਗੱਤਕੇ ਵਾਲੇ ਪਹੁੰਚੇ ਹੋਏ ਨੇ। ਇਹ ਸਿੰਘ ਸਾਹਿਬ ਨੇ, ਇਹ ਢੋਲ ਦੇ ਡਗੇ ਦੇ ਉੱਤੇ ਜਿਹੜੇ ਕਿ ਜੋਰ ਦਿਖਾਏ ਜਾਂਦੇ ਨੇ, ਤੁਸੀਂ ਦੇਖ ਸਕਦੇ ਹੋ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਇਕੱਲੀ ਜਿਹੜੀ ਕਿ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਪਹੁੰਚਦੀ ਕੀਤੀ ਜਾਵੇ ਤੁਹਾਡੇ ਤੱਕ। ਪਿੱਛੇ ਵਾਲਿਆਂ ਦਾ ਦਿਖਾ ਦੇ ਸ਼ਾਟ। ਅਸੀਂ ਅੱਜ ਸਾਰਾ ਕਵਰ ਕਰਕੇ ਹੁੰਦਾ ਉਹ ਹੱਥ ਵਿੱਚ ਉਹਦੇ ਹਥਿਆਰ ਹੁੰਦਾ, ਉਹ ਰੋਡੇ ਪੋਡੇ ਦਿਖਦੇ ਨਾ, ਹਰ ਮੋੜ ਗੜੀ ਖੜਾ ਸਰਦਾਰ ਹੁੰਦਾ। ਉਹ ਕਿਹੜਾ ਲਾਉਂਦਾ ਸਾਡੇ ਸਤਿਗੁਰੂ ਬਾਬਾ ਕਲਗੀ, ਉਹਦੀ ਹਿੱਕ ਦੇ ਸਿੰਘਾਂ ਦਾ ਵਾਰ ਹੁੰਦਾ। ਬੋਲੇ ਸੋਨਿਆ ਉਹ ਖੁਸ਼ੀਆਂ ਜਗਾਰੇ ਬੁਲਾਵੇ ਧੰਨ ਧੰਨ ਬਾਬਾ ਜੋਰਾਵਰ, ਧੰਨ ਧੰਨ ਬਾਬਾ ਫਤਿਹ ਸਿੰਘ, ਮਾਤਾ ਗੁਜਰ ਜੋ ਕੌਰ ਦੇ ਮਨ ਨੂੰ ਭਾਵੇ ਖੁਸ਼ੀਆਂ ਜਾਏ। ਸਤਿ ਸ੍ਰੀ ਅਕਾਲ। ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ, ਕੇਸਾਂ ਦੀ ਬੇਅਦਬੀ ਕਰਨ ਵਾਲਾ ਸਿਰ ਗੁੰਮ ਕਿਹਾ ਜਾਂਦਾ ਹੈ। ਇਹ ਜਿਹੜੇ ਸਲੋਗਨ ਨੇ, ਇੱਕ ਵਾਰ ਇਹ ਸਾਰੇ ਇਕੱਲਾ ਸਲੋਗਨ ਸੰਗਤ ਦੇ ਤੱਕ ਪਹੁੰਚਣਾ ਚਾਹੀਦਾ। ਤੁਸੀਂ ਭਾਈ ਸਾਹਿਬ ਗਾਂ ਨੂੰ ਆ ਜਾਓ, ਥੋੜਾ ਜਿਹਾ ਅੱਗੇ ਨੂੰ ਆ ਜਾਓ। ਇਹਦੇ ਤੇ ਵੀ ਇਹ ਦੇਖੋ, ਇਹ ਸਲੋਗਨਾਂ ਦੇ ਉੱਪਰ ਬਹੁਤ ਕੁਝ ਲਿਖਿਆ ਹੋਇਆ। ਇਹ ਸਾਡੀ ਗੁਰਬਾਣੀ ਵੀ ਕਹਿੰਦੀ ਆ, ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮੋ ਕੁਸ਼ਤੀ ਹੋਏ ਮਰੇ। ਤਾਂ ਇਹ ਤਸਵੀਰਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆਈ ਵਾਰ ਤੁਸੀਂ ਲੈ ਕੇ ਚੱਲਦੇ ਹੁੰਦੇ ਹੋ, ਆਈ ਵਾਰ ਸੰਗਤ ਨੂੰ ਜਾਗਰੂਕ ਕਰਦੇ ਹੋ। ਦੇਖਦੇ ਆ, ਇੱਥੇ ਪੜ੍ਹਦੇ ਰਹੇ ਆ ਮਾਤਾ ਗੁਜਰੀ ਕਾਲਜ ਦੇ ਵਿੱਚ, ਇੱਥੇ ਦਰਸ਼ਨ ਦਿਦਾਰੇ ਵੀ ਹੁੰਦੇ ਰਹੇ ਨੇ। ਇਹ ਕਿੰਨੇ ਕੁ ਜਿਹੜਾ ਕਿ ਫਰਕ ਪੈ ਜਾਂਦਾ ਗਾ ਲੋਕਾਂ ਦੇ ਉੱਪਰ ਜਾਂ ਸੰਗਤ ਦੇ ਉੱਪਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆਏ ਵਾਰੀ ਸਾਡੇ ਨਾਲ ਜਿੰਨੇ ਸਿੰਘ ਆਉਂਦੇ ਆ ਜੀ, ਉਹਦੇ ਵਿੱਚ ਘੱਟੋ ਘੱਟ 8 ਤੋਂ 10 ਸਿੰਘ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਅਸੀਂ ਹਰ ਵਾਰੀ ਕੇਸਾਧਾਰੀ ਕਰਕੇ ਸੈਂਟਰ ਦੇ ਉੱਤੇ ਦਸਤਾਰ ਸਜਾ ਕੇ ਉਹਨਾਂ ਨਾਲ ਪ੍ਰਣ ਕੀਤਾ ਜਾਂਦਾ ਵੀ ਕੇਸਾਧਾਰੀ ਹੋਣਗੇ, ਦਸਤਾਰ ਵੀ ਦਿੱਤੀ ਜਾਂਦੀ, ਉਹਨਾਂ ਨੂੰ ਉਸ ਮਾਹੌਲ ਦੇ ਵਿੱਚ ਗੁਰਬਾਣੀ ਨਾਲ ਜੋੜਿਆ ਜਾਂਦਾ ਜੀ। ਤੇ ਆਏ ਵਾਰੀ ਸਾਡੇ ਨਾਲ 8-10 ਤੋਂ ਸਿੰਘ, ਮਤਲਬ ਕਿ ਜਿਹੜੇ ਨਵੇਂ ਸਿੰਘ ਸਜੇ ਹੁੰਦੇ ਆਉਂਦੇ ਆ, ਸਾਡੇ ਲਈ ਪੂਰਾ ਪ੍ਰਭਾਵ ਹੈ ਜੀ। ਇੱਥੇ ਸੰਗਤ ਦੇ ਨਾਲ ਜਿੱਦਾਂ ਵਿੱਚ ਵਿਚਰਦੇ ਆ, ਉਹਨਾਂ ਤੋਂ ਪਤਾ ਲੱਗਦਾ, ਵਿੱਚ ਰਿਸਪੌਂਸ ਮਿਲਦਾ ਵੀ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜੀ। ਸਾਡੇ ਆਪ ਦੇ ਸ਼ਹਿਰ ਦੇ ਵਿੱਚ ਜਿੱਥੇ ਸਾਡੀ ਫੈਡਰੇਸ਼ਨ ਮਤਲਬ ਕੰਮ ਕਰਦੀ, ਇਹ ਉੱਥੋਂ ਸਾਡੇ ਕੋਲੇ ਸਿੰਘ ਦਸਤਾਰ ਸੈਂਟਰ ਤੇ ਨਵੇਂ ਤੋਂ ਨਵੇਂ ਆਉਂਦੇ ਦਸਤਾਰਧਾਰੀ ਹੁੰਦੇ ਆ। ਤੇ ਮਹਾਰਾਜ ਦੀ ਬੜੀ ਕਿਰਪਾ ਵੀ ਸਾਡੀ ਜਿਹੜੀ ਇਹ ਸਫਲ ਹੁੰਦੀ ਹੈ ਕਿਰਤ ਕੀਤੀ ਜੀ। ਹਾਂਜੀ, ਇੱਥੇ ਹੋਰ ਕੀ ਦੇਖਣ ਨੂੰ ਮਿਲਦਾ ਜਦੋਂ ਆਉਣੇ ਹੋ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਿ ਸਿਰ ਫਿਰੇ ਵੀ ਮਿਲ ਜਾਂਦੇ ਨੇ ਕਈ ਵਾਰ। ਉਹਨਾਂ ਤੇ ਬਾਬਾ ਜੀ ਇੱਕ ਗੱਲ ਦੀ ਬੜੀ ਖੁਸ਼ੀ ਆ, ਮਹਾਰਾਜ ਦੀ ਕਿਰਪਾ। ਦੇਖੋ ਅਨੰਦਪੁਰ ਸਾਹਿਬ ਜੋ ਭਾਣਾ ਸਿੰਘ ਨਾਲ ਵਾਪਰਿਆ ਹੈ ਨਾ ਜੀ, ਉਹਨਾਂ ਨੇ ਸ਼ਹੀਦੀ ਹੋ ਗਈ। ਇਸੇ ਗੱਲ ਨੂੰ ਰੋਕਣ, ਹੱਲੇ ਗੁੱਲੇ ਨੂੰ ਰੋਕਣ ਦੇ ਲਈ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਸੀਗਾ, ਤੇ ਉਹਨਾਂ ਨੂੰ ਆਪਦੀ ਚਲੋ ਜਵਾਨ ਗਵਾਉਣੀ ਪਈ ਉਹ ਕੌਮ ਦੇ ਲਈ, ਪਰ ਬੜਾ ਕੰਮ ਹੀ ਇੱਥੇ ਐਤਕੀ ਇਹ ਗੱਲ ਵੇਖੀ, ਐਤਕੀ ਜਿਹੜੀ ਇਹ ਰੋਕ ਟੋਕ ਹੈ ਸ਼ੋਰ ਸ਼ਰਾਬੇ ਦਾ ਬੜਾ ਫਰਕ ਹੈ ਜੀ। ਇਹ ਚੀਜ਼ ਹੋਣੀ ਨਹੀਂ ਚਾਹੀਦੀ। ਦੇਖੋ ਕਿਤੇ ਕੋਈ ਪ੍ਰਚਾਰ ਵੀ ਚੱਲ ਰਿਹਾ ਹੁੰਦਾ ਹੈ, ਕਿਤੇ ਕੋਈ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਜਾਂ ਕੋਈ ਆਪਦੇ ਹੈ ਨਾ ਇਤਿਹਾਸ ਦੱਸ ਰਿਹਾ, ਇੰਨੇ ਸ਼ੋਰ ਸ਼ਰਾਬੇ, ਟਰੈਕਟਰ ਨਾਲੀਆਂ, ਬੇਸਾਂ ਰੇਸਾਂ, ਇਹ ਸਾਰਾ ਚੀਜ਼ਾਂ ਬਈ ਇੱਥੋਂ ਦਾ ਮਾਹੌਲ ਖਰਾਬ ਕਰ ਦਿੰਦੀਆਂ ਜੀ। ਤੇ ਇਹ ਚੀਜ਼ ਚਾਹੀਦੀਆਂ ਸਿੰਘਾਂ ਨੂੰ, ਕਹਿੰਦਾ ਵੀ ਇਹ ਧੱਕਾ ਕਰਦੇ ਸਾਡੇ ਨਾਲ, ਕੁੱਟਮਾਰ ਕਰਦੇ ਜਾਂ ਕੁਛ ਕਰਦੇ, ਇਹ ਚੀਜ਼ ਨਹੀਂ, ਕਿਸੇ ਦਾ ਮਨ ਨਹੀਂ ਕਰਦਾ। ਇੱਥੋਂ ਦਾ ਜੇ ਮਾਹੌਲ ਹੀ ਇੱਦਾਂ ਦਾ ਬਣਿਆ ਹੋਵੇ, ਸਾਰਿਆਂ ਦੇ ਮਨ ਦੇ ਅੰਦਰੋਂ ਉਹ ਗੱਲ ਜਾਗਦੀ ਹੋਵੇ, ਸਾਹਿਬਜ਼ਾਦਿਆਂ ਨਾਲ ਪ੍ਰੇਮ ਹੋਵੇ ਨਾ, ਲੱਗੀ ਹੋਵੇ ਗੱਲ ਨੂੰ, ਤੇ ਸਾਨੂੰ ਨਹੀਂ ਲੋੜ ਮੈਨੂੰ ਲੱਗਦਾ ਵੀ ਕਿਸੇ ਨੂੰ ਰੋਕਣ ਟੋਕਣ ਦੀ। ਸਾਰੇ ਇਹ ਮਨ ਦੇ ਵਿੱਚ ਮਨਚਾ ਲੈ ਕੇ ਆਉਂਦੇ ਲੋਕੀ। ਇਹ ਅੱਧੇ ਤਾਂ ਇਹੀ ਆਉਂਦੇ, ਉਹਨਾਂ ਨੂੰ ਕਹਿਣਗੇ ਅਸੀਂ ਮੇਲੇ ਤੇ ਚੱਲੇ, ਮੇਲਾ ਨਹੀਂ ਗਏ, ਸਭਾ ਹੈ ਜੀ ਇਹ ਜੋੜ ਮੇਲਾ।
ਉਹਨਾਂ ਦੀ ਯਾਦ ਵਿੱਚ ਬਹਿ ਕੇ ਜੁੜਨਾ, ਉਹਨਾਂ ਬਾਰੇ ਗੱਲਬਾਤ ਕਰਨੀ, ਉਹਨਾਂ ਦੀ ਜਿਹੜੀ ਉਹਨਾਂ ਦੇ ਚਾਨਣਾ ਪਾਉਣੀ ਉਸ ਇਤਿਹਾਸ ਨੂੰ ਸਾਡੇ ਅੰਦਰ ਤੱਕ ਹੈ ਨਾ ਜਿਹੜਾ ਪਹੁੰਚਦੀ ਆ, ਤੇ ਉਹ ਪ੍ਰਚਾਰ ਦੇ ਲਈ ਅਸੀਂ ਇੱਥੇ ਆਉਂਦੇ ਹਾਂ, ਨਾ ਕਿ ਜੋੜ ਮੇਲੇ ਤੋਂ। ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮੋਂ ਕੁਸ਼ਤੀ ਹੋਏ ਮਰੇ। ਗੁਰਬਾਣੀ ਦੀਆਂ ਤੁਕਾਂ ਕਹਿੰਦੀਆਂ ਨੇ, ਅਸੀਂ ਆਪਦੇ ਕੋਲੋਂ ਨਹੀਂ ਕਹਿ ਰਹੇ, ਪਰ ਫਿਰ ਵੀ ਉਹਨਾਂ ਤੱਕ ਇਹ ਆਵਾਜ਼ਾਂ ਜਿਹੜੀਆਂ ਗੱਲਾਂ ਪਹੁੰਚਦੀਆਂ ਨੇ, ਪਰ ਉਹ ਕਹਿੰਦੇ ਨੇ ਇਹ ਉਸ ਟੋਪੀ ਦੀ ਗੱਲ ਨਹੀਂ ਕਰੀ ਜਿਹੜੀ ਅੱਜ ਕੱਲ੍ਹ ਲਈ ਫਿਰਦੇ ਆ। ਦੇਖੋ ਜੀ, ਟੋਪੀ ਤਾਂ ਟੋਪੀ ਹੈ, ਜਿਹਨੂੰ ਨਾ ਹੀ ਟੋਪੀ ਦਿੱਤਾ ਗਿਆ ਉਹ ਤਾਂ ਭਾਵੇਂ ਤੁਸੀਂ ਹੁਣ ਵਾਲੇ ਜ਼ਮਾਨੇ ਲੈ ਲਓ, ਭਾਵੇਂ ਜਿਹੜੇ ਡਿਊਟੀ ਨਿਭਾ ਰਹੇ ਤੇ ਉਹ ਤੋਂ ਅਲੱਗ ਤੋਂ ਇਲਾਵਾ ਜੀ ਯੂਨੀਵਰਸਿਟੀ ਦੇ ਜਿੰਨੇ ਵੀ ਸਟੂਡੈਂਟ ਆ ਸਕੇ ਸੀ 200 ਤੋਂ 300 ਹੋਣਗੇ ਅਸੀਂ ਤਕਰੀਬਨ ਸਾਰੇ ਜੀ, ਤੇ ਗੱਤਕੇ ਦੀ ਟੀਮ ਹੈ ਵਿੱਚ ਜੀ। ਹਾਂਜੀ ਹਾਂਜੀ। ਜਦੋਂ ਸਭਾ ਦੇ ਦਿਨ ਆਉਂਦੇ ਨੇ, ਖਾਸ ਕਰਕੇ ਮੈਂ ਵੀ ਚਲੋ ਇੱਥੇ ਪੜ੍ਹਿਆ ਮਾਤਾ ਗੁਜਰੀ ਕਾਲਜ ਦੇ ਵਿੱਚ, ਜਦੋਂ ਸਭਾ ਦੇ ਦਿਨ ਆਉਂਦੇ ਨੇ ਉਦੋਂ ਸਟੂਡੈਂਟਾਂ ਨੂੰ ਇਹ ਹੋ ਜਾਂਦਾ ਵੀ ਹੁਣ ਸਭਾ ਆ ਗਈ ਆ, ਚਲੋ ਲੰਗਰ ਪਾਣੀ ਵੀ ਚੱਲਣਗੇ, ਇੱਥੇ ਹੁੱਲੜਬਾਜ਼ੀ ਵੀ ਕਈ ਕਰਦੇ ਮਿਲ ਜਾਂਦੇ ਨੇ, ਪਰ ਇਸ ਵਾਰ ਤਾਂ ਨਹੀਂ ਕੋਈ ਅਜਿਹਾ ਹੋਇਆ। ਦੇਖੋ ਜੀ, ਮੈਂ ਤਾਂ ਤਕਰੀਬਨ ਹੁਣ ਦੇਖਿਆ ਨਹੀਂ ਹੈਗਾ ਜੀ, ਕਿਉਂਕਿ ਮੈਂ ਤਾਂ ਇਸ ਹਿਸਾਬ 'ਚ ਹੈ ਨਹੀਂ ਸੀਗਾ ਜੀ, ਪਰ ਜਿਹੜੇ ਜਿਨ੍ਹਾਂ ਨੇ ਕਰਨਾ ਜੀ ਉਹ ਤੁਹਾਨੂੰ ਪਤਾ ਜੀ ਵੀ ਹਟ ਨਹੀਂ ਸਕਦੇ, ਠੀਕ ਹੈ ਨਾ। ਬਾਕੀ ਹਾਂ ਕੁਛ ਇਹ ਹੈ ਜਿਹੜੇ ਨਵੇਂ ਨੌਜਵਾਨ ਜਿਵੇਂ ਹੁਣ ਸਿਖਾਇਆ ਜਾਂਦਾ ਜੀ ਹੈ ਨਾ, ਤੇ ਹੁਣ ਨਵੀਂ ਪੀੜ੍ਹੀ ਨੂੰ ਤਾਂ ਇਸ ਵਾਰੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਜੀ, ਇਹ ਤੁਸੀਂ ਵੀ ਦੇਖਿਆ ਹੀ ਹੋ। ਕਿਹੜਾ ਤੁਹਾਡਾ ਏਰੀਆ? ਮੇਰਾ ਫਤਿਹਗੜ੍ਹ ਸਾਹਿਬ ਹੀ ਹੈ ਜੀ। ਫਤਿਹਗੜ੍ਹ ਸਾਹਿਬ ਜੀ। ਕੋਈ ਬਰਨਾਲੇ ਵਾਲੀ ਸਾਈਡ ਤੋਂ ਹੈਗਾ, ਮੇਰੇ ਵਾਲੇ ਏਰੀਏ ਤੋਂ? ਬਈ ਜੀ ਪਿੱਛੇ ਨਗਰ ਕੀਰਤਨ ਆ ਰਿਹਾ, ਤੁਹਾਡੀ ਇਸ ਵਾਰ ਡਿਊਟੀ ਲੱਗਿਆ ਕਿ ਮਾਤਾ ਗੁਜਰੀ ਕਾਲਜ ਵਾਲਿਆਂ ਦੀ ਲੱਗਦੀ ਹੁੰਦੀ ਸੀ ਹੈ ਨਾ, ਕਿਵੇਂ ਦਾ ਅੱਜ ਦਾ ਮਾਹੌਲ ਕੀ ਕਹਿੰਦਾ ਗਾ ਜੋ ਅੱਜ ਤੁਸੀਂ ਇੱਥੇ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋ, ਜਾਂ ਜਿਹੜੀ ਇਹ ਸਭਾ ਗਈ ਸ਼ਹੀਦੀ ਸਭਾ, ਇਸ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਬਦਲਾਅ ਦੇਖਣ ਨੂੰ ਮਿਲਿਆ, ਕਿੰਨਾ ਕੁ ਜਿਹੜਾ ਕਿ ਵੱਖਰਾ ਪਹਿਲਾਂ ਨੂੰ? ਬਾਈ ਜੀ ਪਹਿਲਾਂ ਨਾਲ ਤਾਂ ਬਹੁਤ ਬਦਲਾਅ ਦੇਖਿਆ, ਜਿਹੜੇ ਨੌਜਵਾਨ ਪੀੜ੍ਹੀ ਆ ਆਪਣੀ ਸਿੱਖੀ ਵੱਲ ਬਹੁਤ ਆ ਰਹੀ ਆ, ਤੇ ਆਪਣਾ ਗੁਰੂ ਸਾਹਿਬ ਦਾ ਬਹੁਤ ਹੋ ਰਿਹਾ, ਬਲਕਿ ਨੌਜਵਾਨ ਸਭਾ ਵੱਧ ਤੋਂ ਵੱਧ ਆਪਣਾ ਸਿੱਖੀ ਵੱਲ ਆਓ। ਤਾਂ ਇਹਨਾਂ ਦੀ ਅਪੀਲ ਆ, ਇਹ ਅਸੀਂ ਤਾਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਟੂਡੈਂਟ ਨੇ, ਸ਼੍ਰੀ ਫਤਿਹਗੜ੍ਹ ਸਾਹਿਬ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟ ਨੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਜਿਹੜੀਆਂ ਕਿ ਤਸਵੀਰਾਂ ਉਹ ਸਾਂਝੀਆਂ ਕੀਤੀਆਂ ਹਨ। ਖਾਸ ਕਰਕੇ ਸਟੂਡੈਂਟਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਅਸੀਂ ਖੁਦ ਇਸ ਜਗ੍ਹਾ ਤੋਂ, ਇਸ ਧਰਤੀ ਤੋਂ ਪੜ੍ਹ ਕੇ ਗਏ ਹਾਂ। ਇਸ ਧਰਤੀ ਨੇ ਜੋ ਵੀ ਦਿੱਤਾ ਅੱਜ ਤੁਹਾਡੇ ਸਾਹਮਣੇ ਆ। ਇਸ ਧਰਤੀ 'ਤੇ ਜਿੰਨੇ ਸਟੂਡੈਂਟ ਪੜ੍ਹਦੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਹੋ ਸਕੇ। ਸਾਡੀ ਗੁਰਬਾਣੀ ਦੀਆਂ ਤੁਕਾਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤਾਂ ਹਰ ਇੱਕ ਕੰਮ ਦੇ ਵਿੱਚ, ਹਰ ਇੱਕ ਜੇਕਰ ਦੇਖਿਆ ਜਾਵੇ ਤਾਂ ਹਰ ਇੱਕ ਪਾਸੇ ਬੀਬੀਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਮਾਤਾਵਾਂ ਦਾ, ਭੈਣਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਕਿ ਜਦੋਂ ਕਿਹਾ ਜਾਂਦਾ ਕਿ ਮਾਂ ਦੀ ਹੱਲਾਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਉਸੇ ਮਾਂ ਦੀ ਹੱਲਾਸ਼ੇਰੀ ਹੀ ਪੁੱਤ ਨੂੰ ਡਰਪੋਕ ਵੀ ਬਣਾ ਦਿੰਦੀ ਆ ਜੇਕਰ ਮਾਂ ਅਜਿਹੀਆਂ ਗੱਲਾਂ ਕਰਨ ਲੱਗ ਜੇ। ਤਾਂ ਇਹ ਤਸਵੀਰਾਂ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਾਤਾ ਸਾਹਿਬ ਕੌਰ, ਮਾਈ ਭਾਗੋ ਦੀਆਂ ਜਿਹੜੀਆਂ ਕਿ ਵਾਰਸਾਂ ਨੇ, ਉਹਨਾਂ ਦੀਆਂ ਜਿਹੜੇ ਕਿ ਦਰਸ਼ਨ ਆ ਉਹ ਵੀ ਅਸੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਕਿ ਉਹ ਵੀ ਸਾਹਮਣੇ ਆਊਗਾ। ਤਾਂ ਅਸੀਂ ਗੱਲ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਇੱਥੋਂ ਦੀ ਹੋ ਤੁਸੀਂ? ਉਰੋਂ ਦੇ ਰਹਿਣ ਵਾਲੇ ਹੋ? ਤਾਂ ਤੁਸੀਂ ਇਸੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚੋਂ ਹੀ? ਹਾਂਜੀ ਸਰ। ਮੈਮ ਕਿਵੇਂ ਦਾ ਜਿਹੜਾ ਕਿ ਮਾਹੌਲ ਆ ਜੋ ਇਹ ਦਿਖਾਈ ਦੇ ਰਿਹਾ? ਇਹ ਕਿਹਾ ਜਾਂਦਾ ਕਿ ਮਾਂ ਦੀ ਹੱਲਾਸ਼ੇਰੀ ਆ ਜਿਹੜੀ ਉਹ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਮਾਂ ਹੀ ਹੁੰਦੀ ਆ ਜਿਹੜੀ ਕਿ ਇਤਿਹਾਸ ਦੱਸ ਸਕਦੀ ਹੁੰਦੀ ਹੈ ਤੇ ਇਤਿਹਾਸ ਤੋਂ ਪਾਸੇ ਕਰ ਸਕਦੀ ਹੁੰਦੀ। ਤਾਂ ਠੀਕ ਹੈ ਸਰ, ਇੱਕ ਮਾਂ ਤਾਂ ਪਹਿਲੀ ਗੁਰੂ ਹੁੰਦੀ ਹੈ ਬੱਚੇ ਦੀ, ਸੋ ਇਹ ਕਹਿਣਾ ਸੱਚ ਹੈ ਕਿ ਮਾਂ ਬੱਚੇ ਦੀ ਪਹਿਲੀ ਗੁਰੂ, ਉਹ ਸਭ ਕੁਝ ਸਿਖਾਉਂਦੀ ਹੈ, ਤੇ ਉਹਦੇ ਨਕਸ਼ੇ ਕਦਮ ਤੇ ਜੇ ਬੱਚਾ ਚੱਲੇ ਤਾਂ ਸਕਸੈਸ ਹੋ ਸਕਦਾ। ਠੀਕ ਹੈ ਸਰ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮੈਮ ਜਦੋਂ ਯੂਨੀਵਰਸਿਟੀ ਦੇ ਵਿੱਚ ਜਵਾਕ ਆਉਂਦੇ ਨੇ, ਸਟੂਡੈਂਟ ਆਉਂਦੇ ਨੇ, ਤਾਂ ਅਕਸਰ ਗੱਲਾਂ ਚੱਲਦੀਆਂ ਹੋਣੀਆਂ ਇਸ ਧਰਤੀ ਦੀਆਂ, ਇਸ ਜਗ੍ਹਾ ਦੀਆਂ। ਹਾਂਜੀ ਸਰ, ਸਾਨੂੰ ਲੋਕੀ ਕਹਿੰਦੇ ਤੁਸੀਂ ਬੜੇ ਬੜੇ ਭਾਗੇ ਹੋ ਜਿਹੜੇ ਇਸ ਧਰਤੀ ਤੋਂ, ਸਭ ਤੋਂ ਮਹਿੰਗੀ ਧਰਤੀ ਗਿਣੀ ਜਾਂਦੀ ਹੈ, ਇੱਥੇ ਤੁਸੀਂ ਰਹਿ ਰਹੇ ਹੋ, ਤਾਂ ਅਸੀਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਹਾਂ। ਔਰ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਦੱਸਦੇ ਹਾਂ ਕਿ ਉਹ ਜਿਹੜੇ ਗੁਰੂਆਂ ਨੇ ਸਾਡੇ ਜਿਹੜੇ ਕਦਮਾਂ 'ਤੇ ਉਹ ਚੱਲੇ ਨੇ, ਉਹਨਾਂ 'ਤੇ ਸਾਡੇ ਬੱਚੇ ਚੱਲਣ ਤਾਂ ਅੱਗੇ ਜਾ ਕੇ ਸਕਸੈਸ ਹੋਣਗੇ। ਤੇ ਇਤਿਹਾਸ ਨੂੰ ਉਹਨਾਂ ਨੂੰ ਜਾਣੂ ਕਰਨਾ ਬਹੁਤ ਜ਼ਰੂਰੀ ਹੈ। ਇਤਿਹਾਸ ਨਾਲ ਜਾਣੂ ਹੋਣਗੇ ਤਾਂ ਹੀ ਉਹਨਾਂ ਦੇ ਗੁਰੂਆਂ ਦੇ ਨਕਸ਼ੇ ਕਦਮ 'ਤੇ ਚੱਲ ਸਕਣਗੇ। ਅਕਸਰ ਟੀਚਰਾਂ ਦੇ ਨਾਲ ਅਸੀਂ ਵੀ ਗੱਲਾਂ ਪੈ ਜਾਂਦੇ ਸੀ ਕਿ ਉਹ ਦਿਨ ਕਿਹੋ ਜਿਹੇ ਸੀ, ਉਹ ਦਿਨ, ਉਹ ਉਹਨਾਂ ਦੇ ਜਿਹੜੀਆਂ ਕਿ ਜ਼ਰੂਰਤਾਂ ਕਿੰਨੀਆਂ ਸੀਗੀਆਂ ਉਹ ਛੋਟੇ ਸਾਹਿਬਜ਼ਾਦਿਆਂ ਦੀਆਂ। ਤਾਂ ਜਦੋਂ ਉਹ ਗੱਲਾਂ ਕਰਦੇ ਸੀ ਤਾਂ ਮਨ ਭਰ ਆਉਂਦਾ ਸੀ, ਬਰਾਗ ਦੇ ਵਿੱਚ ਅੱਖਾਂ ਵੀ
ਨਮ ਹੋ ਜਾਂਦੀਆਂ ਸੀ। ਅਜਿਹਾ ਕਦੇ ਹੋਇਆ ਤੁਹਾਡੇ ਨਾਲ, ਜਿਵੇਂ ਤੁਸੀਂ ਕਈ ਵਾਰ ਸਟੂਡੈਂਟਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਗੱਲ ਕਰਦੇ ਹੋ? ਹਾਂਜੀ ਸਰ, ਉਹ ਫੀਲਿੰਗਸ ਅਸੀਂ ਆਪਣੇ ਆਪ ਦੇ ਅੰਦਰ ਮਹਿਸੂਸ ਕਰਦੇ ਹਾਂ। ਅਸੀਂ ਤਾਂ ਮਤਲਬ ਕਿਨਕਾਂ ਪਰ ਵੀ ਨਹੀਂ ਹੈ ਉਹਦੇ ਅੱਗੇ, ਜਿਹੜੀ ਗੁਰਬਾਣੀਆਂ ਉਹਨਾਂ ਨੇ ਕੀਤੀਆਂ ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਪਰ ਅਸੀਂ ਬੱਚਿਆਂ ਨੂੰ ਜ਼ਰੂਰ ਸਿੱਖਿਆ ਜ਼ਰੂਰ ਦਿੰਦੇ ਹਾਂ ਕਿ ਤੁਸੀਂ ਜੇ ਆਪਾਂ ਕੋਈ ਮਾਡਲ ਰੱਖਦੇ ਹਾਂ, ਰੋਲ ਰੱਖਦੇ ਹਾਂ ਕਿ ਆਪਾਂ ਉਹਦੇ ਨਜ਼ਦੀਕ ਪਹੁੰਚਣਾ, ਜੇ ਕੋਸ਼ਿਸ਼ ਕਰਾਂਗੇ ਤਾਂ ਥੋੜ੍ਹਾ ਜਿਹਾ ਤਾਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਆਪਾਂ ਕਰ ਹੀ ਸਕਦੇ ਹਾਂ। ਤੇ ਹੋ ਵੀ ਸਕਦਾ ਹੈ ਕਿ ਆਪਾਂ ਕਰੀਬ ਪਹੁੰਚੀਏ, ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਇੱਥੋਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਪਿੱਛੇ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਟੀਮ ਆ ਗੱਤਕੇ ਦੀ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਕੌਮ ਜਿਹੜੀ ਕਿ ਸ਼ਾਸਤਰਾਂ 'ਚੋਂ ਜੰਮੀ ਆ ਅਤੇ ਸ਼ਾਸਤਰਾਂ 'ਚ ਹੀ ਇਹਨੇ ਮਰ ਮਿਟ ਜਾਣਾ। ਤਾਂ ਇਹ ਸ਼ਾਸਤਰ ਨੇ, ਕੋਸ਼ਿਸ਼ ਕਰਾਂਗੇ ਜਾਣਨ ਦੀ ਇਹਨਾਂ ਸ਼ਾਸਤਰਾਂ ਦੇ ਬਾਰੇ, ਇਹਨਾਂ ਨੂੰ ਕੀ ਕੀ ਕਿਹਾ ਜਾਂਦਾ ਹੈ ਸ਼ਾਸਤਰਾਂ ਦੀ ਜੋ ਇੱਥੇ ਹੈ। ਇਸ ਭਾਜੀ ਸ਼ਸਤਰ ਸਿੰਪਲ ਮੈਨੂੰ ਇਦਾਂ ਤੇ ਪਤਾ ਵਾ ਕਿ ਕਿਰਪਾਨ ਮੇਰੇ ਉਸਤਾਦ ਜੀ ਉਹਨਾਂ ਨੂੰ ਸਾਰਾ ਪਤਾ ਵਾ, ਇਹਨਾਂ ਸ਼ਸਤਰਾਂ ਦੇ ਨਾਮ ਬਹੁਤ ਗੁੱਝੇ ਆ। ਕਿੱਥੇ ਨੇ ਉਸਤਾਦ ਜੀ ਤੁਹਾਡੇ? ਉਸਤਾਦ ਜੀ ਲਾਗੇ ਨਾਲ ਹੀ ਆ ਜੀ। ਬੁਲਾ ਲਿਓ ਥੋੜਾ ਜਿਹਾ, ਆਪਾਂ ਕਰ ਲਈਏ ਗੱਲਬਾਤ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਾਸਤਰਾਂ ਦੇ ਬਾਰੇ ਬਹੁਤ ਕੁਝ ਜਿਹੜਾ ਕਿ ਸਾਹਮਣੇ ਆਉਂਦਾ ਰਿਹਾ। ਇਹਨਾਂ ਸ਼ਾਸਤਰਾਂ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਨੇਜ਼ਾ, ਕਿਰਪਾਨ ਜਿਹੜੇ ਕਿ ਆਮ ਲੋਕਾਂ ਨੂੰ ਬਹੁਤ ਥੋੜੇ ਸ਼ਾਸਤਰਾਂ ਦਾ ਪਤਾ ਹੁੰਦਾ, ਪਰ ਇੱਥੇ ਤਾਂ ਬਹੁਤ ਜ਼ਿਆਦਾ ਪਏ ਨੇ। ਮੈਡਮ ਸ਼ਾਸਤਰਾਂ ਬਾਰੇ ਦੱਸ ਦਿਓ ਸਾਰਾ, ਆਪਣੇ ਕਿਹੜੇ ਕਿਹੜੇ ਸ਼ਾਸਤਰ ਨੇ? ਹਾਂਜੀ, ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕੀਆਂ ਜਿੰਦਾ ਵੱਡੇ ਛੱਕੇ ਜੋ ਇਹਦੇ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ। ਇਹ ਜੋ ਤੁਸੀਂ ਟੀਮ ਦੇਖ ਰਹੇ ਹੋ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਜੋ ਅਧੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਆਉਂਦੀ ਹੈ, ਉੱਥੇ ਦੇ ਸਾਰੇ ਵਿਦਿਆਰਥੀ ਹਨ। ਜਿੱਥੇ ਸਿੰਘ ਜ਼ੋਰ ਦਿਖਾ ਰਹੇ ਨੇ, ਉਹਦੇ ਸਿੰਘੜੀਆਂ ਵੀ ਜਿਹੜੇ ਸਾਡੀ ਸਿੱਖ ਮਾਰਸ਼ਲ ਆਰਟ ਗੱਤਕਾ ਹੈ ਉਹਦਾ ਜਿਹੜਾ ਕਰਤੱਵ ਦਿਖਾ ਰਹੇ ਨੇ। ਤੇ ਸ਼ਸਤਰਾਂ ਦੀ ਤੁਸੀਂ ਗੱਲ ਕੀਤੀ, ਇਹਦੇ ਵਿੱਚ ਸ਼ਸਤਰ ਜਿਹੜੇ ਹੈਗੇ ਨੇ ਉਹ ਅਲੱਗ-ਅਲੱਗ ਪ੍ਰਕਾਰ ਦੇ ਸ਼ਸਤਰ ਹੈਗੇ ਜਿਹੜੇ ਪੁਰਾਤਨ ਸਾਡੇ ਸ਼ਸਤਰ ਹੁੰਦੇ ਸੀ। ਜਿੱਦਾਂ ਮੈਂ ਸ਼ਸਤਰਾਂ ਦੇ ਇੱਕ ਸਵਈਏ ਦੀ ਗੱਲ ਕਰਾਂ, ਅਸਕਰ ਬਾਣ, ਖੰਡੋ ਖੜਕ, ਤੁਬਕਤਾ ਬੁਰ, ਤੀਰ, ਸਹਿਬ, ਸਰੋਈ, ਸੈਥੀ, ਇਹ ਹਮਾਰੇ ਪੀਰ। ਗੁਰੂ ਸਾਹਿਬ ਨੇ ਇਹਨਾਂ ਨੂੰ ਪੀਰ ਦਾ ਦਰਜਾ ਦਿੱਤਾ ਹੈਗਾ। ਸੋ ਜਿੱਥੇ ਗੁਰੂ ਸਾਹਿਬ ਨੇ ਭਗਤੀ ਦੀ ਗੱਲ ਕੀਤੀ ਹੈ, ਉੱਥੇ ਸ਼ਕਤੀ ਦੀ ਵੀ ਗੱਲ ਕੀਤੀ ਹੈ। ਮੀਰੀ ਤੇ ਪੀਰੀ ਤਲਵਾਰਾਂ ਦਾ ਵੀ ਜਿਹੜਾ ਹੈਗਾ ਅਰਥ ਇਹੀ ਸੀ ਵੀ ਜਿੱਥੇ ਸਿੱਖਾਂ ਨੇ ਨਾਮ ਬਾਣੀ ਕਰਨੀ ਹੈ ਤਾਂ ਉੱਥੇ ਇਸ ਦੇ ਨਾਲ ਜਿਹੜਾ ਹੈਗਾ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਬਿਲਕੁਲ। ਜਿਵੇਂ ਸ਼ਾਸਤਰਾਂ ਦੇ ਉੱਪਰ ਅਕਸਰ ਸਵਾਲ ਉੱਠਦੇ ਨੇ ਕਿ ਇਹ ਸ਼ਾਸਤਰਾਂ ਦੀ ਪ੍ਰਦਰਸ਼ਨੀ ਕਰਦੇ ਨੇ, ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਅਜਿਹੇ ਟਵੀਟ ਵੀ ਆਉਂਦੇ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਜਿਹੜੇ ਅਜਿਹੇ ਬਿਆਨ ਦੇ ਦਿੰਦੇ ਨੇ ਜਾਂ ਅਜਿਹਾ ਕੁਝ ਬੋਲ ਜਾਂਦੇ ਨੇ? ਦੇਖੋ ਜੀ, ਜੇਕਰ ਤੁਸੀਂ ਕੋਈ ਕੰਮ ਕਰੋਗੇ ਤਾਂ ਤੁਹਾਡੇ ਵਿਰੋਧੀ ਤਾਂ ਹੋਣਗੇ, ਕੋਈ ਵੀ ਫੀਲਡ ਹੈ, ਠੀਕ ਹੈ ਜੀ। ਇਸ ਕਰਕੇ ਸਿੱਖ ਕੌਮ ਦੇ ਜਿਹੜਾ ਹੈਗਾ ਵਿਰੋਧ ਸ਼ੁਰੂ ਤੋਂ ਹੁੰਦਾ ਹੈ, ਕੋਈ ਨਵੀਂ ਗੱਲ ਨਹੀਂ ਹੈਗੀ, ਠੀਕ ਹੈ। ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਇਹ ਸੰਕਲਪ ਬਖਸ਼ਿਆ ਹੈਗਾ ਵੀ ਜਿੱਥੇ ਅਸੀਂ ਬਾਣੀ ਪੜ੍ਹਨੀ ਹੈ, ਬਾਣੀ ਦੇ ਨਾਲ ਜਿਹੜੀ ਹੈਗੀ ਆ ਅਸੀਂ ਸ਼ਸਤਰ ਵਿਦਿਆ ਵੀ ਜਿਹੜੀ ਹੈਗੀ ਨਾਲ ਲਿਖਣੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੁਕਮ ਹੈ ਵੀ ਸ਼ਸਤਰ ਵਿਦਿਆ, ਕਿਉਂਕਿ ਸਿੱਖ ਧਰਮ ਦੇ ਵਿੱਚ ਜੇ ਦੇਖੀਏ ਤਾਂ 6ਵੇਂ ਪਾਤਸ਼ਾਹ ਤੋਂ ਸ਼ਸਤਰ ਵਿਦਿਆ ਦੀ ਸ਼ੁਰੂਆਤ ਹੋਈ ਹੈ। ਕਿਉਂਕਿ ਉਹਨਾਂ ਨੂੰ 2 ਤਲਵਾਰਾਂ ਜੋ ਧਾਰਨ ਕਰਾਈਆਂ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀਆਂ, ਠੀਕ ਹੈ। ਕਿਉਂਕਿ ਵਿਰੋਧੀ ਤਾਂ ਦੇਖੋ ਅਕਸਰ ਕੋਈ ਵੀ ਕੰਮ ਕਰਦੇ ਉੱਥੇ ਵਿਰੋਧ ਤਾਂ ਹੁੰਦਾ ਹੀ ਹੈ, ਪਰ ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਹੈਗੇ, ਠੀਕ ਹੈ। ਸਾਡਾ ਜੋ ਗੁਰੂ ਸਾਹਿਬ ਦਾ ਸੰਕਲਪ ਹੈ ਇਸ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ, ਇਹ ਚੱਲਦਾ ਰਹੇਗਾ ਤੇ ਅੱਗੇ ਵੀ ਚੱਲ ਰਿਹਾ ਹੈ, ਆਉਣ ਵਾਲੇ ਟਾਈਮ 'ਚ ਵੀ ਚੱਲਦਾ ਰਹੇਗਾ ਜੀ ਇਹ। ਜੀ ਬਿਲਕੁਲ ਜੀ। ਤਾਂ ਬਹੁਤ ਬਹੁਤ ਧੰਨਵਾਦ। ਅਸੀਂ ਇੱਧਰਲੇ ਪਾਸੇ ਚੱਲਦੇ ਹਾਂ। ਕਿੰਨੀ ਕੁ ਮੁਸ਼ਕਿਲ ਆ ਰਹੀ ਆ ਸੰਗਤ ਨੂੰ ਕੰਟਰੋਲ ਕਰਨ ਦੇ ਵਿੱਚ? ਸਰ ਬਹੁਤ ਆ ਰਹੀ ਹੈ, ਕਈ ਤਾਂ ਸੁਣਦੇ ਵੀ ਨਹੀਂ ਹੈਗੇ, ਜਿੱਦਾਂ ਅਸੀਂ ਕਈ ਜਾਣੇ ਕਿ ਪਿੱਛੇ ਹੋ ਜਾ ਹੁੰਦੇ ਹੀ ਨਹੀਂ ਹੈਗੇ ਸਰ, ਬਹੁਤ ਜ਼ਿਆਦਾ ਆ ਰਹੀ ਹੈ। ਕਿਹੜੇ ਥਾਂ ਤੋਂ ਦੱਸੋ? ਸਰ ਮੈਂ ਤਾਂ ਵੈਸੇ ਫਤਿਹਗੜ੍ਹ ਸਾਹਿਬ ਤੋਂ ਹੀ ਆ ਲੋਕਲ, ਬਟ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟਸ ਹਾਂ। ਤੇ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੇ ਸਟੂਡੈਂਟਾਂ ਨਾਲ ਗੱਲ ਕਰੀ ਜਾਵੇ। ਅਸੀਂ ਵੀ ਸਟੂਡੈਂਟ ਰਹੇ ਹਾਂ ਇੱਥੋਂ ਦੇ ਕਦੇ। ਅੱਛਾ ਜੀ, ਹਾਂਜੀ ਸਰ, ਅਸੀਂ ਬਹੁਤ ਜ਼ਿਆਦਾ ਸਾਡੀ ਸਰ ਲੱਗੀ ਹੋਈ ਹੈ, ਅਸੀਂ ਕੈਂਪ ਲੱਗਿਆ ਹੋਇਆ 7 ਦਿਨ ਦਾ ਹੀ ਲੱਗਿਆ ਹੋਇਆ ਸਰ ਅਸੀਂ, ਤੇ ਸਰ ਅਸੀਂ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਹੁਣ ਦਿੱਕਤਾਂ ਆਉਂਦੀਆਂ ਨੇ, ਕੈਂਪਾਂ ਕੁੰਪਾਂ 'ਚ ਘਰ ਦੇ ਮਨਾ ਕਰ ਦਿੰਦੇ ਨੇ ਵੀ ਨਹੀਂ ਜਾਣਾ ਹੈਗਾ, ਕਦੇ ਕੋਈ ਅਜਿਹੀ ਮੁਸ਼ਕਲ ਤਾਂ ਨਹੀਂ ਆਈ ਤੁਹਾਨੂੰ? ਨਹੀਂ ਸਰ, ਮੈਨੂੰ ਨਹੀਂ ਆਈ, ਕਿਉਂਕਿ ਸਰ ਮੈਂ ਇੱਥੇ ਦੀ ਆ, ਫਤਿਹਗੜ੍ਹ ਸਾਹਿਬ ਦੀ ਹਾਂ, ਤੇ ਮੇਰੇ ਘਰਦਿਆਂ ਨੂੰ ਪਤਾ ਹੈ ਕਿ ਇੱਥੇ ਦਾ, ਉਹਨਾਂ ਨੂੰ ਸਾਰਾ ਪਤਾ ਹੈ, ਜਿੱਦਾਂ ਛੋਟੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਨੂੰ ਸਭ ਕੁਝ ਪਤਾ ਹੈ, ਤੇ ਉਹਨਾਂ ਨੇ ਮੈਨੂੰ ਕੋਈ ਰੋਕ ਟੋਕ ਨਹੀਂ ਕੀਤੀ। ਜਿੱਦਾਂ ਅਸੀਂ ਸਵੇਰੇ ਸਾਨੂੰ ਖੁਦ ਛੱਡ ਕੇ ਜਾਂਦੇ ਨੇ, ਖੁਦ ਲੈ ਕੇ ਜਾਂਦੇ ਨੇ ਸਰ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਅਮਲੋਹ ਤੋਂ ਹਾਂ ਸਰ। ਅਸੀਂ ਕੀ ਕਹਿੰਦੇ ਨੇ ਉਰੇ ਡੇਲੀ ਅਪ ਡਾਊਨ ਕਰਦੇ ਹਾਂ, ਯੂਨੀਵਰਸਿਟੀ 'ਚ ਪੜ੍ਹਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ।
ਸਰ ਸਾਨੂੰ ਬਹੁਤ ਮਾਣ ਆ, ਅਸੀਂ ਸਿੱਧਾ ਹੀ ਧਰਤੀ ਦੇ ਉਰੇ ਪੜ੍ਹਦੇ ਆ, ਸਾਨੂੰ ਉਰੇ ਘਰ ਦੇ ਭੇਜਦੇ ਨੇ, ਸਾਨੂੰ ਸਾਡੇ ਘਰ ਦੇ ਕਹਿੰਦੇ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਕਈਆਂ ਨੂੰ ਅਲਾਓ ਨਹੀਂ ਕਰਦੇ ਗਰਲਜ਼ ਨੂੰ, ਤੇ ਉਰੇ ਹੋਸਟਲ ਪ੍ਰੋਵਾਈਡ ਕਰਦੇ ਨੇ ਜਦੋਂ ਕੈਂਪ ਲੱਗਦਾ ਆ, ਤੇ ਨਾਈਟ ਦੀ ਡਿਊਟੀ ਨਹੀਂ ਜੇ ਅਲਾਓ ਕਰਦੇ ਘਰ ਤਾਂ ਅਪ ਡਾਊਨ ਵੀ ਕਰ ਸਕਦੇ ਆ ਆਪਾਂ। ਤੇ ਸਾਨੂੰ ਸਾਡੇ ਪੇਰੈਂਟਸ ਕਹਿੰਦੇ ਨੇ ਸਾਨੂੰ ਆਪਾਂ ਸਿੱਧਾ ਹੀ ਧਰਤੀ ਦੇ ਨੇ, ਸਾਨੂੰ ਸ਼ਹਾਦਤ ਦੀ ਧਰਤੀ ਤੇ ਸੇਵਾ ਕਰਨੀ ਚਾਹੀਦੀ ਆ, ਤਾਂ ਹੀ ਭੇਜਦੇ ਨੇ ਸਾਨੂੰ, ਤੇ ਸਾਨੂੰ ਬਹੁਤ ਮਾਣ ਆ, ਅਸੀਂ ਹਿੱਸਾ ਬਣ ਰਹੇ ਆ ਇੱਥੇ ਸ਼ਹਾਦਤ ਦੀ ਧਰਤੀ ਦਾ। ਜੀ ਬਿਲਕੁਲ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਚੱਲ ਕੇ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਇਕੱਲੇ ਪੱਖ ਤੋਂ ਜਿਹੜੀ ਕਿ ਗੱਲ ਕਰਨੀ ਚਾਹਾਂਗੇ। ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਦੇ ਉੱਪਰ ਸਲੋਗਨ ਲਿਖੇ ਗਏ ਨੇ, ਇਹਨਾਂ ਫੱਟਿਆਂ ਦੇ ਉੱਪਰ ਜੋ ਸਲੋਗਨ ਲਿਖੇ ਗਏ ਨੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਤਾਂ ਇਹ ਉਹਨਾਂ ਬੀਬੀਆਂ ਦੇ ਲਈ ਵੀ ਸਲੋਗਨ ਲਿਖੇ ਗਏ ਨੇ ਜਿਹੜੀਆਂ ਸੱਸਾਂ ਬਣ ਜਾਂਦੀਆਂ ਨੇ, ਸੱਸਾਂ ਬਣ ਕੇ ਫਿਰ ਨੂੰਹ ਨੂੰ ਕਹਿੰਦੀਆਂ ਨੇ ਕਿ ਮੁੰਡਾ ਹੋਣਾ ਚਾਹੀਦਾ, ਕੁੜੀ ਨਹੀਂ ਹੋਣੀ ਚਾਹੀਦੀ, ਤਾਂ ਜੋ ਉਹ ਇਹ ਗੱਲਾਂ ਦੇਖ ਲੈਣ ਕਿ ਇਹ ਨੌਜਵਾਨ ਕੁੜੀਆਂ ਇਸ ਧਰਤੀ ਤੇ ਨੇ ਜੋ ਇੱਥੇ ਸੇਵਾ ਕਰ ਰਹੀਆਂ ਨੇ। ਤਾਂ ਅਸੀਂ ਚੱਲਦੇ ਹਾਂ ਅੱਗੇ, ਪ੍ਰੋਫੈਸਰ ਸਾਹਿਬ ਖੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੀ ਜਗ੍ਹਾ ਤੇ ਪੜ੍ਹੇ ਆ, ਮਾਤਾ ਗੁਜਰੀ ਕਾਲਜ ਦੇ ਵਿੱਚ ਪੜ੍ਹ ਕੇ ਗਏ ਆ। ਅੱਜ ਬੜਾ ਵਧੀਆ ਲੱਗ ਰਿਹਾ ਕਿ ਸਟੂਡੈਂਟਾਂ ਨੂੰ ਅਸੀਂ ਪੁੱਛ ਰਹੇ ਹਾਂ ਕਿ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਇੱਥੇ ਸੇਵਾ ਕਰਕੇ, ਕੀ ਕੁਝ ਸਾਹਮਣੇ ਆ ਰਿਹਾ। ਤੁਸੀਂ ਆਈ ਵਾਰ ਇੱਥੇ ਦੇਖਦੇ ਹੋ ਸਰ, ਮਤਲਬ ਕਿੰਨੀਆਂ ਜਿਹੜੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨਾ ਕਿ ਜਿਹੜਾ ਕਿ ਕੌਮ ਜਾਂ ਸਟੂਡੈਂਟਾਂ ਨੂੰ ਜਾਂ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ, ਜਾਂ ਕਿੰਨਾ ਕੁ ਤੁਸੀਂ ਦੱਸਦੇ ਰਹਿੰਦੇ ਹੋ। ਦੇਖੋ, ਯੂਨੀਵਰਸਿਟੀ ਵੱਲੋਂ ਅਸੀਂ ਹਰ ਇੱਕ ਜਿਹੜੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਆ, ਗੁਰੂ ਸਾਹਿਬਾਨ ਦੇ ਸ਼ਹੀਦੀ ਪੁਰਬ ਆ, ਜਾਂ ਹੋਰ ਸਿੱਖੀ ਨਾਲ ਜਿਹੜੇ ਸੰਬੰਧਿਤ ਦਿਹਾੜੇ ਆ, ਅਸੀਂ ਯੂਨੀਵਰਸਿਟੀ ਵਿੱਚ ਹਰ ਵਾਰੀ ਲਗਾਤਾਰ ਮਨਾਉਂਦੇ ਆ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਇਤਿਹਾਸ ਨਾਲ ਜਾਣੂ ਕਰਾਈਏ। ਉਸ ਤੋਂ ਇਲਾਵਾ ਅਸੀਂ ਸਾਰੇ ਕੋਰਸਾਂ ਦੇ ਵਿੱਚ ਸਾਰੇ ਬੱਚਿਆਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਬਾਰੇ ਇੱਕ ਪੇਪਰ ਬੱਚਿਆਂ ਨੂੰ ਪਾਸ ਕਰਨਾ ਪੈਂਦਾ ਆ, ਔਰ ਸਾਰੇ ਬੱਚੇ ਕੰਪਲਸਰੀ ਪੇਪਰ ਪੜ੍ਹਦੇ ਆ। ਉਸ ਤੋਂ ਇਲਾਵਾ ਅਸੀਂ ਪੰਜਾਬੀ ਦਾ ਵਿਸ਼ਾ ਜਿਹੜਾ ਆ ਸਾਰੇ ਕਲਾਸਾਂ ਵਾਸਤੇ ਲਾਗੂ ਕੀਤਾ ਹੈ। ਹਰ ਇੱਕ ਸਮੈਸਟਰ ਦੇ ਵਿੱਚ ਬੱਚੇ ਪੰਜਾਬੀ ਦਾ ਵਿਸ਼ਾ ਪੜ੍ਹਦੇ ਆ, ਤੇ ਸਿੱਖ ਇਤਿਹਾਸ ਬਾਰੇ ਵੀ ਅਸੀਂ ਬੱਚਿਆਂ ਨੂੰ ਵੈਲਿਊ ਐਡਡ ਕੋਰਸਿਸ ਦੇ ਵਿੱਚ ਪੜ੍ਹਾਉਂਦੇ ਆ। ਤੇ ਉਸ ਤੋਂ ਇਲਾਵਾ ਅਸੀਂ ਇੱਕ ਗੱਤਕੇ ਦਾ ਡਿਪਲੋਮਾ ਸ਼ੁਰੂ ਕੀਤਾ ਹੈ ਯੂਨੀਵਰਸਿਟੀ ਦੇ ਵਿੱਚ, ਜਿਹਦੇ ਵਿੱਚ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਤੇ 30 ਸੀਟਾਂ ਦੇ ਨਾਲ ਇੱਕ ਸਾਡਾ ਕੋਰਸ ਬਹੁਤ ਸਫਲਤਾਪੂਰਵਕ ਚੱਲ ਰਿਹਾ ਆ। ਉਸ ਤੋਂ ਇਲਾਵਾ 100 ਅੰਮ੍ਰਿਤਧਾਰੀ ਬੱਚੀਆਂ ਜਿਹੜੀਆਂ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਆ, ਇਹਨਾਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਆ। ਯੂਨੀਵਰਸਿਟੀ ਦੀ ਫੀਸ, ਹੋਸਟਲ ਦੀ ਰਿਹਾਇਸ਼ ਤੇ ਹੋਸਟਲ ਦੇ ਖਾਣੇ ਦਾ ਕੋਈ ਖਰਚਾ ਨਹੀਂ ਲੈਂਦਾ ਬੱਚਿਆਂ ਤੋਂ, ਤੇ ਇਹਨਾਂ ਬੱਚਿਆਂ ਨੂੰ ਸਵੇਰ ਤੇ ਸ਼ਾਮ ਦਾ ਨਿਤਨੇਮ ਕਰਵਾਇਆ ਜਾਂਦਾ ਹੈ ਤਾਂ ਕਿ ਇਹ ਸਾਡੇ ਇੱਕ ਦੂਤ ਵਜੋਂ ਸੰਗਤ ਦੇ ਵਿੱਚ ਵਿਚਰ ਸਕਣ। ਇਹ ਦਾੜਿਆਂ ਤੇ ਇਹ ਝੰਡੇ ਬੁੰਗਿਆਂ ਤੇ ਕਈ ਵਾਰ ਸਵਾਲ ਖੜੇ ਹੋ ਜਾਂਦੇ ਹੁੰਦੇ ਨੇ, ਅੱਜ ਉਹੀ ਕੇਸਰੀ ਨਿਸ਼ਾਨ ਤੇ ਉਹੀ ਦਾੜੇ ਖੁੱਲੇ ਇਹਨਾਂ ਨੂੰ ਮਿਲ ਰਹੇ ਨੇ। ਅੱਜ ਕੀ ਕਹਿਣਾ ਚਾਹੋਗੇ ਜਿਹੜੇ ਇਹ ਜਿਹੇ ਸਵਾਲ ਖੜੇ ਕਰਦੇ ਨੇ? ਦੇਖੋ, ਇਹ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ ਜਿਹੜੇ ਸਵਾਲ ਖੜਾ ਕਰਦੇ ਆ। ਕਿਤੇ ਨਾ ਕਿਤੇ ਉਹ ਸਿੱਖੀ ਦੇ ਵਿੱਚੋਂ ਵਿਸ਼ਵਾਸ ਲੋਕਾਂ ਦਾ ਹਟਾਉਣਾ ਚਾਹੁੰਦੇ ਆ, ਤੇ ਝੰਡੇ ਬੁੰਗੇ ਜਾਂ ਸਰੋਵਰ ਸਾਡੇ ਜਿਹੜੇ ਆ ਜਾਂ ਤੀਰਥ ਸਥਾਨ ਆ, ਗੁਰਦੁਆਰਾ ਸਾਹਿਬਾਨ ਆ, ਤੇ ਉਹਦੇ ਵਿੱਚ ਸੰਗਤ ਦੀ ਆਸਥਾ ਰਹੀ ਆ ਤੇ ਰਹੇਗੀ। ਤੇ ਉਹਦਾ ਇੱਕ ਪ੍ਰਤੱਖ ਪ੍ਰਮਾਣ ਇਹ ਆ ਕਿ ਸ਼ਹੀਦੀ ਸਭਾ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਆ। ਇਹ ਸੰਗਤ ਹਰ ਸਾਲ ਵੱਧ ਰਹੀ ਆ, ਤਾਂ ਇਹਦਾ ਮਤਲਬ ਜੋ ਉਹ ਮੁੱਠੀ ਭਰ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਦੇ ਵਿਰੁੱਧ ਪ੍ਰਚਾਰ ਕਰਦੇ ਆ, ਤੇ ਉਹ ਅਲੱਗ ਥਲੱਗ ਗਿਆ, ਤੇ ਉਹਨਾਂ ਦਾ ਪ੍ਰਚਾਰ ਦਾ ਸੰਗਤ ਤੇ ਅਸਰ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੀ ਆਸਥਾ ਜਿਹੜੀ ਗੁਰੂ ਸਾਹਿਬ ਤੇ ਅਟੁੱਟ ਹੈ। ਇਹ ਵੀ ਕਿਹਾ ਜਾਂਦਾ ਕਿ ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨੇ ਚਾਹੀਦੇ ਸੀ ਉਹ ਕਰ ਨਹੀਂ ਪਾਈ, ਪਰ ਅੱਜ ਅਸੀਂ ਇਸੇ ਕਰਕੇ ਤੁਹਾਡੇ ਕੋਲ ਆਏ ਹਾਂ ਕਿ ਅਦਾਰੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਦੇ ਵਿੱਚ। ਕਿੰਨਾ ਕੁ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਕੋਲ ਜਿਹੜੇ ਆਰਥਿਕ ਸਾਧਨ ਆ ਉਹ ਸੀਮਤ ਆ। ਸੰਗਤ ਦੀ ਜਿਹੜਾ ਚੜਾਵਾ ਆ ਉਹਦੇ ਨਾਲ ਹੀ ਉਹਨਾਂ ਕੋਲ ਜਿਹੜਾ ਪੈਸਾ ਆਉਂਦਾ ਆ। ਉਹਦੇ ਬਾਵਜੂਦ ਲੰਗਰ ਦਾ ਪ੍ਰਬੰਧ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਅਕਾਦਮਿਕ ਪ੍ਰਬੰਧ ਜਿਹੜਾ ਆ ਵਿੱਦਿਆ ਪ੍ਰਦਾਨ ਕਰ ਰਹੀ ਆ, ਕਾਫੀ ਬੱਚਿਆਂ ਨੂੰ ਮੁਫਤ ਵਿੱਦਿਆ ਦੀ ਸਹੂਲਤ ਦੇ ਰਹੀ ਆ। ਉਸ ਤੋਂ ਇਲਾਵਾ ਕੋਈ ਵੀ ਸਮਾਜਿਕ ਆਫਤ ਆ ਜਾਵੇ ਤਾਂ ਉਹਦੇ ਵਿੱਚ ਵੀ ਜਿਹੜੀ ਆ SGPC ਵੱਧ ਚੜ੍ਹ ਕੇ ਹਿੱਸਾ ਲੈਂਦੀ ਆ, ਤੇ ਹੋਰ ਸਿੱਖ ਕੌਮ ਦੇ ਸਾਰੇ ਮਸਲਿਆਂ ਵਾਸਤੇ ਜਿਹੜੀ ਆ ਉਹ
ਮੇਰੇ ਖਿਆਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਮੇਂ ਪਹਿਲ ਕਦਮੀ ਕੀਤੀ ਜਾਂਦੀ ਆ। ਸੋ ਕੁਝ ਲੋਕ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਜ਼ਿਸ਼ ਦੇ ਤਹਿਤ, ਤਾਂ ਉਹ ਨਹੀਂ ਹੋਣਾ ਚਾਹੀਦਾ। ਜੇ ਕੋਈ ਕਮੀਆਂ ਵੀ ਮਹਿਸੂਸ ਹੁੰਦੀਆਂ ਤਾਂ ਸਾਨੂੰ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇੰਨੀਆਂ ਕੁਰਬਾਨੀਆਂ ਤੋਂ ਬਾਅਦ ਜੋ ਸੰਸਥਾ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਨੂੰ ਸਾਰਿਆਂ ਨੂੰ ਉਹਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਕਿ ਪ੍ਰੋਫੈਸਰ ਸਾਹਿਬਾਨ ਸੀ, BC ਸਾਹਿਬਾਨ ਸੀ, ਪ੍ਰਿੰਸੀਪਲ ਸਾਹਿਬਾਨ ਸੀ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਦੇ ਸਟੂਡੈਂਟਾਂ ਦੇ ਨਾਲ ਵੀ ਗੱਲ ਕਰੀ ਆ। ਪਰ ਤੁਹਾਨੂੰ ਇੱਕ ਨਜ਼ਾਰਾ ਹੋਰ ਦਿਖਾ ਦਿੰਨੇ ਆ ਇਸ ਸ਼ਹੀਦੀ ਸਭਾ ਦੇ ਵਿੱਚ। ਉਹ ਕੀ ਆ ਕਿ ਪਿੱਛੇ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਕਿ ਪਾਰਟੀ ਦੇ ਬੰਦੇ ਪਹੁੰਚੇ ਨੇ, ਉਹਨਾਂ ਦੇ ਵੱਲੋਂ ਇਹ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਲੋਕ ਸਭਾ ਦੇ ਵਿੱਚ ਖੜੀਆਂ ਹੋਈਆਂ, ਜੋ ਤਸਵੀਰਾਂ ਦੀ ਗੱਲ ਲੋਕ ਸਭਾ ਦੇ ਵਿੱਚ ਗੱਲ ਕੀਤੀ ਗਈ। ਸਿੱਧੂ ਮੂਸੇਵਾਲਾ, ਸ਼ੁਭਦੀਪ ਸਿੰਘ ਦੀਪ ਸਿੱਧੂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਜੀਤ ਸਿੰਘ ਨਿੱਜਰ, ਤਾਂ ਉਹਨਾਂ ਦੀਆਂ ਤਸਵੀਰਾਂ ਨੂੰ ਲੈ ਕੇ ਅੱਜ ਇਸ ਸਭਾ ਦੇ ਵਿੱਚ ਇੱਕ ਹਿੱਸਾ ਬਣੇ ਨੇ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਸਾਂਝਾ ਹੋ ਰਿਹਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਪਹਿਲਾਂ ਹੀ ਕਿਹਾ ਸੀ ਕਿ ਹਰ ਪੱਖ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਹਰ ਪੱਖ ਤੋਂ ਤੁਹਾਨੂੰ ਦਿਖਾਵਾਂਗੇ ਕਿ ਇਸ ਸਭਾ ਦੇ ਵਿੱਚ ਕਿਹੜੀਆਂ ਜਿਹੜੀਆਂ ਕਿ ਸਾਹਮਣੇ ਆ ਰਿਹਾ ਹੈਗਾ ਜੋ ਕੁਝ ਵੀ ਆ। ਤਾਂ ਮਾਨ ਸਿੰਘ ਮਾਨ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦੀ ਸਭਾ ਦੇ ਵਿੱਚ ਇਹਨਾਂ ਬਾਈ ਦੀਪ ਸਿੱਧੂ ਮੂਸੇਵਾਲੇ ਹੋਰਾਂ ਦੀ ਤਸਵੀਰ ਜਿਹੜੀ ਕਿ ਲੋਕ ਸਭਾ ਦੇ ਵਿੱਚ ਬੋਲਣ ਤੋਂ ਮਾਨ ਸਾਹਿਬ ਨੂੰ ਰੋਕ ਦਿੱਤਾ ਗਿਆ ਸੀ, ਟੋਕ ਦਿੱਤਾ ਗਿਆ ਸੀ। ਅੱਜ ਫਿਰ ਇਸ ਸਭਾ ਦੇ ਵਿੱਚ ਇਹ ਤਸਵੀਰਾਂ ਲੈ ਕੇ ਖੜੇ ਹੋਏ ਆ। ਜਿੱਥੇ ਸਾਹਿਬਜ਼ਾਦਾ ਜ਼ੋਰਾ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਹੋਈ ਹੈ, ਇੱਕ ਮੁਗਲ ਹਕੂਮਤ ਜਿਸ ਨੇ ਬਹੁਤ ਗਲਤ ਤਰੀਕੇ ਨਾਲ ਉਹਨਾਂ ਨੂੰ ਫੜ ਕੇ ਬੇਕਾਨੂੰਨ ਕਤਲ ਕੀਤਾ ਸੀਗਾ, ਉਹ ਹਾਲਾਤ ਸਿੱਖ ਕੌਮ ਦੀ ਇਸ ਹਕੂਮਤ 'ਚ ਫਿਰ ਆ ਰਹੀ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੇਕਸੂਰ ਸਿੱਖਾਂ ਨੂੰ ਕਤਲੇਆਮ 1984 ਦਾ ਕਰਦੇ ਆਏ ਆ, ਪੰਜਾਬ 'ਚ ਪੁਲਿਸ ਨੇ ਕੀਤਾ ਔਰ ਇਸ ਤੋਂ ਇਲਾਵਾ ਬਾਹਰਲੇ ਦੇਸ਼ਾਂ 'ਚ ਹੁਣ ਇਹ ਕਤਲ ਕਰਨ ਲੱਗ ਪਏ ਆ। ਸੋ ਅਸੀਂ ਆਪਣੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨੰਦੇ ਨਜ਼ਰ ਰੱਖ ਕੇ ਅਸੀਂ ਅੱਜ ਇਹਨਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਭਾਰਤ ਦੀ ਹਕੂਮਤ ਨੇ ਉਸੇ ਤਰ੍ਹਾਂ ਕੋ ਕੇ ਮਾਰਿਆ ਜਿਸ ਤਰ੍ਹਾਂ ਮੁਗਲ ਹਕੂਮਤ ਨੇ ਕੀਤਾ ਸੀ। ਲੱਗਦਾ ਵੀ ਅੱਜ ਇਹ ਜਾਇਜ਼ ਸੀ ਇਸ ਜਗ੍ਹਾ ਤੇ ਇਹਨਾਂ ਦੀਆਂ ਤਸਵੀਰਾਂ ਲਾਉਣੀਆਂ ਅੱਜ ਜਾਇਜ਼ ਮੰਨੀਆਂ ਗਈਆਂ ਨੇ, ਕਿਉਂਕਿ ਕਈ ਵਿਰੋਧੀ ਪਾਰਟੀਆਂ ਇਹ ਵੀ ਸਵਾਲ ਖੜੇ ਕਰਨੇ ਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਥਾਂ ਤੇ ਇਹਨਾਂ ਦੀਆਂ ਤਸਵੀਰਾਂ ਕਿਉਂ ਲਗਾਈਆਂ ਗਈਆਂ। ਵੈਸੇ ਤਾਂ ਅਸੀਂ ਤਾਂ ਬਾਣੀ ਦੇ ਉਪਾਸ਼ਕ ਹਾਂ, ਧੁਰਕੀ ਬਾਣੀ ਆਈ ਉਹਦੇ ਸੋਚ ਅਧੀਨ ਫੋਟੋਆਂ ਤਾਂ ਵੈਸੇ ਹੀ ਬੈਨ ਹੈ, ਪਰ ਅਸੀਂ ਦੇਖਦੇ ਹਾਂ SGPC ਦੇ ਵਿੱਚ ਇਹਨਾਂ ਨੇ ਵੱਖ-ਵੱਖ ਪਤਾ ਨਹੀਂ ਕਿਹਦੀ ਸ਼ਕਲ ਪਾ ਕੇ ਗੁਰੂ ਸਾਹਿਬਾਨ, ਕਿਹਦੀ ਸ਼ਕਲ ਪਾ ਕੇ ਸਾਹਿਬਜ਼ਾਦਿਆਂ ਦੀ ਇਹਨਾਂ ਨੇ ਫੋਟੋ ਲਾਈ ਹੋਈ ਹੈ। ਅਸੀਂ ਸਮਝਦੇ ਹਾਂ ਕਿ ਜਿਹੜੀਆਂ ਫੋਟੋਆਂ ਹੈ ਇਹ SGPC ਨੇ ਜਿਹੜੀ ਪ੍ਰਮੋਸ਼ਨ ਕੀਤੀ ਹੈ ਇਹਦੀ, ਇਹ ਸਿੱਖੀ ਦੇ ਬਰਖਲਾਫ ਹੈ। ਪਰ ਇਹ ਇਨਸਾਨ ਅਸਲ 'ਚ ਇੱਥੇ ਜਿਉਂਦੇ ਸੀਗੇ ਜਿਨ੍ਹਾਂ ਨੂੰ ਭਾਰਤ ਨੇ ਮਾਰਿਆ। ਅਸੀਂ ਇਸ ਕਰਕੇ ਉਸ ਨੂੰ ਸ਼ਹਾਦਤ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੰਦੇ ਨਜ਼ਰ ਰੱਖਦੇ ਹੋਏ ਅੱਜ ਜੋ ਹਕੂਮਤਾਂ ਜ਼ੁਲਮ ਕਰ ਰਹੀਆਂ ਉਹਨਾਂ ਨੂੰ ਯਾਦ ਕਰਕੇ ਅਸੀਂ ਇਹਨਾਂ ਦੀਆਂ ਫੋਟੋ ਨਾਲ ਤੁਰ ਰਹੇ ਹਾਂ। ਇਹ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ, ਜਾਇਜ਼ ਮੰਨਦੇ ਹੋ ਖਾਲਿਸਤਾਨ ਜਿੰਦਾਬਾਦ ਕਹਿਣਾ? ਇਹ ਧਰਤੀ ਉਹ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਖਾਲਸਾ ਰਾਜ ਸਥਾਪਿਤ ਕੀਤਾ ਸੀ, ਜਿੱਥੇ ਜ਼ਿਮੀਂਦਾਰਾਂ ਨੂੰ ਆਪਣੇ ਜ਼ਮੀਨ ਵਾਹੁਣ ਦਾ ਹੱਕ ਦਿੱਤਾ ਸੀਗਾ ਔਰ ਨਾਨਕਸ਼ਾਹੀ ਸਿੱਕਾ ਉਰੇ ਛਾਪਿਆ ਗਿਆ ਸੀਗਾ। ਅੱਜ ਇਹ ਹਕੂਮਤ ਸਾਡੇ ਉੱਤੇ ਕੇਜਰੀਵਾਲ ਕਹਿੰਦਾ ਹੈ ਕਿ ਅਸੀਂ ਸਤਿਕਾਰਯੋਗ ਹਿੰਦੂ ਧਰਮ ਦੀ ਲక్ష్ਮੀ ਮਾਤਾ ਜੀ ਦੀ ਫੋਟੋ ਨੋਟਾਂ ਤੇ ਲਾਉਣਾ ਹੈ, ਤੇ ਇਹ ਜਿਹੜੀ ਬੁੱਤ ਪੂਜਾ ਤੇ ਇਹ ਜਿਹੜੀ ਸੋਚ ਹੈ ਇਹ ਸਿੰਘ ਸਭਾ ਨੇ ਸਾਡੇ ਗੁਰੂ ਘਰਾਂ ਚੋਂ ਕੱਢੀ ਸੀ। ਸੋ ਅਸੀਂ ਸਮਝਦੇ ਹਾਂ ਕਿ ਇੱਥੇ ਖਾਲਿਸਤਾਨ ਦੀ ਮੰਗ ਜ਼ਰੂਰੀ ਹੈ, ਕਿਉਂਕਿ ਸਾਡੇ ਉੱਤੇ ਹਿੰਦੂ ਰਾਸ਼ਟਰ ਲਾਗੂ ਕੀਤਾ ਜਾ ਰਿਹਾ ਹੈਗਾ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੁਰੂ ਸਾਹਿਬ ਦਾ ਵਚਨ ਸੀ ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਉਹਦਾ ਪ੍ਰਗਟਾਵਾ ਹੋਏ ਤੇ ਖਾਲਸਾ ਰਾਜ ਹੋਵੇ। ਖਾਲਸਾ ਰਾਜ ਦੀ ਗੱਲ ਕਰੀ ਹੈ, ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਸੀ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਸੀ, ਪਰ ਉਹਨਾਂ ਨੇ ਤਾਂ ਕਦੇ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਕਰੀ। ਜੇਕਰ ਇਤਿਹਾਸ ਨੂੰ ਫਰੋਲਦੇ ਆਂ, ਬਾਚਦੇ ਆਂ, ਸਾਡੀ ਸਮਝ 'ਚ ਉਹ ਖਾਲਸਾ ਰਾਜ ਖਾਲਸਾਸਤਾਨ ਹੀ ਸੀਗਾ। ਤੁਸੀਂ ਕਿਸੇ ਹੋਰ ਨਾਮ ਜਾਣਦੇ ਹੋਵੋਗੇ, ਤੁਸੀਂ ਉਹਦੇ ਨਾਲ ਲੈ ਲਓ, ਪਰ ਸਾਨੂੰ ਤਾਂ ਜਿਹੜੀ ਸੋਚ ਖਾਲਸਾਈ ਹੈ ਉਸ ਅਧੀਨ ਜਿਹੜੇ ਰਾਜ ਹੋਏ ਆ ਉਹ ਸਾਨੂੰ ਖਾਲਿਸਤਾਨ ਦੇ ਰੂਪ 'ਚ ਨਜ਼ਰ ਆਉਂਦੇ ਆ। ਤਾਂ
ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਦੇ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਬਾਹਰਲੇ ਮੁਲਕਾਂ ਵਿੱਚ ਇੰਡੀਆ ਵਿੱਚ ਕਤਲ ਕੀਤੇ ਗਏ ਸਿਰਕੱਢ ਸਿੱਖ ਤਾਂ ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆ। ਤਾਂ ਅਸੀਂ ਤੁਹਾਡੇ ਨਾਲ ਜਿਹੜੀ ਕਿ ਇੱਕ ਤਸਵੀਰ ਹੋਰ ਪਿੱਛੇ ਚੱਲ ਕੇ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡਾ ਇਹ ਬਣਦਾ ਕਿ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰੀਏ, ਕਿਉਂਕਿ ਇੱਥੇ ਲੰਗਰਾਂ ਦੀਆਂ ਤਸਵੀਰਾਂ ਬੜੀਆਂ ਦਿਖਾ ਦਿੱਤੀਆਂ ਜਾਂਦੀਆਂ, ਇੱਥੇ ਹੋਰ ਕੁਝ ਬੜਾ ਦਿਖਾ ਦਿੱਤਾ ਜਾਂਦਾ, ਪਰ ਜਿਹੜੀਆਂ ਇਹ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਜ਼ਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਸ ਧਰਤੀ ਤੇ ਜਿਹੜਾ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜ ਰਹੇ ਨੇ, ਪਰ ਜਦੋਂ ਸਵਾਲ ਕਰੀਦੇ ਨੇ ਪਤਾ ਨਹੀਂ ਕਿਉਂ ਅਜਿਹਾ ਕੁਝ ਹੋ ਜਾਂਦਾ। ਪਰ ਚਲੋ ਅਸੀਂ ਤੁਹਾਨੂੰ ਤਸਵੀਰ ਜਿਹੜੀ ਕਿ ਅੱਗੇ ਚੱਲ ਕੇ ਦਿਖਾਉਣੇ ਆ। ਇਹ ਨਿਹੰਗ ਸਿੰਘਾਂ ਦੇ ਜ਼ੋਰ ਨੇ, ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਦੁਨੀਆ ਹੁੰਦੀ ਆ, ਹਰ ਇੱਕ ਤਰ੍ਹਾਂ ਦੇ ਜਿਹੜੇ ਕਿ ਲੋਕ ਹੁੰਦੇ ਨੇ ਇਹਨਾਂ ਅੱਖਾਂ ਦੇ ਵਿੱਚ, ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਦਿਖਾ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ ਜੀ। ਕੁਝ ਬੋਲਣਾ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਤੁਹਾਡਾ ਚੈਨਲ ਆ, ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਭਗਵੰਤ ਮਾਨ ਵੀ ਜਿਹੜਾ ਚਿੱਟਾ ਵਿਕਦਾ ਨਾ, ਚਿੱਟਾ ਵਿਕਦਾ ਉਹ ਚਿੱਟਾ ਬੰਦ ਕਰ ਦੇ, ਨਹੀਂ ਤੇਰੀ ਨਾ ਧੂਆ ਕਰ ਦਿਆਂਗੇ। ਚਿੱਟਾ ਬੰਦ ਕਰਾਉਣਾ ਤੁਸੀਂ ਸਰਕਾਰ ਜੀ, ਇਹਨਾਂ ਸਿੰਘ ਸਾਹਿਬ ਦੀ ਅਪੀਲ ਆ ਕਿ ਚਿੱਟਾ ਬੰਦ ਹੋ ਜਾਏ। ਇਹ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਜ਼ੋਰ ਨੇ। ਜੋ ਜ਼ੋਰ ਦਿਖਾਏ ਜਾਂਦੇ ਨੇ ਗੱਤਕੇ ਦੇ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਸ ਸ਼ਾਸਤਰਾਂ ਦੇ ਉੱਤਰ ਕਾਫੀ ਸਵਾਲ ਖੜੇ ਹੁੰਦੇ ਨੇ, ਕਾਫੀ ਕੁਝ ਜਿਹੜਾ ਕਿ ਬੋਲਿਆ ਜਾਂਦਾ ਸ਼ਾਸਤਰਾਂ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਫਤਿਹ ਸਿੰਘ ਜੀ ਦਾ ਪੰਥ ਚਲਾਇਆ ਹੋਇਆ ਜੀ, ਬਾਬਾ ਬੁੱਢਾ ਦਲ। ਬਾਕੀ ਸਾਡੇ ਜਥੇਦਾਰ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸ਼ਾਸਤਰ ਵਿਦਿਆ ਇਹ ਬਾਬਾ ਬੁੱਢਾ ਜੀ ਦੀ ਦੇਣ ਆ ਜੀ। ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਨੇ ਬਚਨ ਕੀਤੇ ਸੀਗੇ ਵੀ ਮਹਾਰਾਜ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜੀ ਕਹਿੰਦੇ ਸਨ ਵੀ ਮਹਾਰਾਜ ਕਹਿੰਦੇ ਸ਼ਾਸਤਰ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਿਹੜਾ ਇਹ ਰਾਜ ਆ ਇਹ ਸ਼ਾਸਤਰਾਂ ਦੇ ਅਧੀਨ ਆ, ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੂੰ ਵਰਦਾਨ ਬਾਬਾ ਬੁੱਢਾ ਜੀ ਨੇ ਜਿਸ ਸਮੇਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ, ਉਸ ਸਮੇਂ ਬਾਬਾ ਬੁੱਢਾ ਜੀ ਨੂੰ ਦੇਖ ਕੇ ਛੇਵੇਂ ਪਾਤਸ਼ਾਹ ਖੁਸ਼ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਬੁੱਢਿਆ ਇਹ ਕਿੰਨੀ ਫੌਜ ਲੈ ਕੇ ਆਇਆ? ਵੀ ਜ਼ਿਆਦਾ ਸੀ, ਗਵਾਲੀਅਰ ਦੇ ਕਿਲੇ 'ਚ ਆਏ ਸੀ ਉਸ ਸਮੇਂ 18,000 ਤੇਰੇ ਕੋਲ ਫੌਜ ਛੱਡ ਕੇ ਆਏ ਸੀ, ਅੱਜ ਤੂੰ 32,000 ਫੌਜਾਂ ਦਾ ਇਕੱਠ ਲੈ ਕੇ ਆਇਆ। ਉਹਨਾਂ ਤੋਂ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਚਨ ਕੀਤੇ ਸੀ ਵੀ ਧੰਨ ਧੰਨ ਬਾਬਾ ਬੁੱਢਾ ਜੀ ਆਪ ਜੀ ਦੇ ਨਾਂ ਤੇ ਦਲ ਪੰਥ ਚੱਲੇਗਾ, ਜਿਸ ਦਾ ਨਾਂ ਬੁੱਢਾ ਦਲ ਹੋਵੇਗਾ।
ਜਿਹਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਇਹ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਸ਼ਾਸਤਰ ਵਿੱਦਿਆ ਤੇ ਘੋੜਸਵਾਰੀ ਦੀ ਦਾਤ ਬਖਸ਼ੀ। ਅੱਜ ਉਹੀ ਮਰਿਆਦਾ ਨਿਹੰਗ ਸਿੰਘ ਸਾਂਭੀ ਬੈਠੇ ਨੇ ਜੋ ਕਿ ਹਰ ਸਾਲ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਰਦੇ ਹੋਏ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਅਖਾੜਾ ਗੁਰੂ ਦੀਆਂ ਲਾਡਲੀਆਂ ਫੌਜਾਂ ਇੱਥੇ ਹਾਜ਼ਰੀ ਭਰਨ ਆਉਂਦੀਆਂ ਨੇ, ਜਿਨ੍ਹਾਂ ਦਾ ਮਿਸ਼ਨ ਹੈ ਸ਼ਾਸਤਰ ਵਿੱਦਿਆ ਤੇ ਘੋੜਸਵਾਰੀ, ਗੁਰਬਾਣੀ ਸੰਥਿਆ ਤੇ ਬਾਣੀ ਬਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਗੱਜ ਗੱਜ ਕਰ ਜਾਵੇ ਨਾਲ ਹੋ ਜਾਵੇ ਪੁੱਤਰਾਂ ਦਾ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਵੇ। ਸਤਿ ਸ੍ਰੀ ਅਕਾਲ। ਅਸੀਂ ਤੁਹਾਨੂੰ ਇਹ ਜੌਹਰ ਅੱਜ ਗੱਤਕੇ ਦੇ ਜਿਹੜੇ ਇੱਥੇ ਨਿਹੰਗ ਸਿੰਘਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ, ਤੁਹਾਡੇ ਤੱਕ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰਾਂਗੇ। ਇਹ ਤਸਵੀਰਾਂ ਆਹ ਤਾਂ ਤੁਸੀਂ ਦੇਖੋਗੇ ਕਿ ਇਹ ਤਸਵੀਰਾਂ ਦੇ ਜ਼ਰੀਏ ਖੁੰਡੀਆਂ ਹੋਈਆਂ ਕਿਰਪਾਨਾਂ ਕਿਵੇਂ ਉਦੋਂ ਜ਼ਾਲਮ ਦੀਆਂ ਗਰਦਨਾਂ ਤੇ ਬਰੀਆਂ ਤੇ ਕਿਵੇਂ ਉਦੋਂ ਜ਼ਾਲਮ ਨੂੰ ਜਿਹੜਾ ਕਿ ਜਣੇ ਚਵਾਏ ਖੁੰਡੀਆਂ ਹੋਈਆਂ ਕਿਰਪਾਨਾਂ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਜਿਹੜੀਆਂ ਕਿ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। CBSE ਬੋਰਡ ਦੇ ਜਿਹੜੇ ਸਟੂਡੈਂਟ ਨੇ, ਅਕੈਡਮੀ ਆ, ਇਸੇ ਅਕੈਡਮੀ ਦੀ ਨੇ ਇਹ ਗੁਰਸਿੱਖ ਅਕੈਡਮੀ ਹੈ ਜੀ, ਬਹਾਦਰਗੜ੍ਹ ਜੀ। ਜੀ ਹਾਂਜੀ। ਇਹ ਛੋਟੇ ਛੋਟੇ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? LKG। ਅੰਗਰੇਜ਼ੀ ਪੜ੍ਹਦੇ ਹੋ? ਕਿੰਨੀ ਉਮਰ ਆ? ਕਿੰਨੇ ਈਅਰ ਦੇ ਹੋ? 4 ਸਾਲ ਦਾ। 4 ਸਾਲ ਦੇ। ਤਾਂ ਇਹ ਛੋਟੇ ਛੋਟੇ ਬੱਚੇ ਨੇ, ਤੁਹਾਡੇ ਨਾਲ ਆਏ ਨੇ ਜੀ ਇਹ? ਹਾਂਜੀ ਹਾਂਜੀ। ਇਹਨਾਂ ਨੂੰ ਜਦੋਂ ਤੁਸੀਂ ਸਜਾਇਆ ਇਸ ਤਰ੍ਹਾਂ ਦਮਾਲੇ ਸਜਾਏ ਗਏ, ਜੋੜਿਆ ਸਾਹਿਬ ਪਾਏ ਗਏ, ਤਾਂ ਅੱਜ ਦੀਆਂ ਇਹ ਤਸਵੀਰਾਂ ਬਹੁਤ ਜਿਹੜੀਆਂ ਕਿ ਖਿੱਚ ਦਾ ਕੇਂਦਰ ਬਣੀਆਂ ਨੇ ਸੰਗਤਾਂ ਦੀਆਂ। ਦਿਲ ਦੇ ਵਿੱਚ ਕੀ ਆ ਰਿਹਾ ਸੀ ਉਦੋਂ? ਅੱਖਾਂ ਦੇ ਮੂਹਰੇ ਕੀ ਆ ਰਿਹਾ ਸੀ? ਹਾਂਜੀ, ਉਦੋਂ ਅੱਖਾਂ ਦੇ ਮੂਹਰੇ ਕੀ ਭਾਵਨਾਵਾਂ ਆ ਰਹੀਆਂ ਸੀ ਜਦੋਂ ਦਮਾਲੇ ਸਜਾ ਰਹੇ ਸੀ? ਜੋੜਾ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਆ। ਬਿਲਕੁਲ। ਤਾਂ ਇਹ ਤਸਵੀਰਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਪੁੱਤ? 5th 5th 'ਚ? ਹੈ 1st 7th 1st 4th 1st। ਅੱਛਾ, ਫਸਟ 'ਚ ਹੋ। ਕਿੰਨੀ ਉਮਰ ਆ? 8। ਅੱਛਾ, ਇਹ ਤੁਹਾਡੇ ਨਾਲ ਆਏ ਨੇ ਜੀ? ਜਦੋਂ ਇਹਨਾਂ ਨੂੰ ਸਜਾਇਆ, ਇਹਨਾਂ ਦੇ ਦਮਾਲੇ ਸਜਾਏ, ਚੋਲਾ ਸਾਹਿਬ ਪਾਏ ਗਏ, ਤਾਂ ਇੱਧਰ ਨੂੰ ਰਵਾਨਾ ਹੋਣਾ ਸੀ, ਤਾਂ ਮਨ ਦੇ ਵਿੱਚ ਭਾਵਨਾਵਾਂ ਕੀ ਉੱਠ ਰਹੀਆਂ ਸੀਗੀਆਂ? ਤੁਸੀਂ ਪ੍ਰਿੰਸੀਪਲ ਮੈਮ ਨਾਲ ਗੱਲ ਕਰ ਲਓ ਜੀ। ਪ੍ਰਿੰਸੀਪਲ ਮੈਂ ਹੈਗੇ ਹੋ। ਅੱਛਾ, ਬੱਚਿਆਂ ਦੇ ਮੰਮੀ ਨਾਲ ਗੱਲ ਕਰੀਏ? ਇਹਨਾਂ ਨਾਲ ਜੀ। ਜਦੋਂ ਇਹਨਾਂ ਨੂੰ ਤੁਸੀਂ ਇੱਧਰ ਸਜਾ ਕੇ ਲਿਆ ਰਹੇ ਸੀ, ਇਹਨਾਂ ਛੋਟੇ ਬੱਚਿਆਂ ਨੂੰ ਫਰਜ਼ੰਦਾਂ ਦੀ ਯਾਦ ਆ ਰਹੀ ਹੋਣੀ ਆ, ਸਾਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਜਿਹੜਾ ਕਿ ਉਹ ਮਨਾਇਆ ਜਾ ਰਿਹਾ, ਉਦੋਂ ਦਿਲ ਦੇ ਵਿੱਚ, ਮਨ ਦੇ ਵਿੱਚ ਕੀ ਆ ਰਿਹਾ ਸੀ ਜਾਂ ਅੱਖਾਂ ਦੇ ਸਾਹਮਣੇ ਕੀ ਆ ਰਿਹਾ ਸੀ? ਉਦੋਂ ਉਹੀ ਟਾਈਮ ਯਾਦ ਆਉਂਦਾ ਕਿ ਹਾਂ ਵੀ ਸਾਡੇ ਆਪਣੇ ਛੋਟੇ ਛੋਟੇ ਬੱਚੇ ਨੇ। ਮੇਰੀ ਗੁੜੀਆ 8 ਸਾਲ ਦੀ,
ਮੈਂ ਉਸ ਟਾਈਮ ਵੀ ਜਦੋਂ ਇਹਨੂੰ ਤਿਆਰ ਕਰਦੀ ਤਾਂ ਮੈਂ ਇਹੀ ਸੋਚਦੀ ਹਾਂ ਕਿ ਉਹ ਮਾਤਾ ਗੁਜਰੀ ਨੇ ਕਿਵੇਂ ਤਿਆਰ ਕੀਤੇ ਹੋਣਗੇ, ਉਹ ਰਾਤ ਕਿਵੇਂ ਗੁਜ਼ਾਰੀ ਹੋਏਗੀ, ਕਿਉਂਕਿ ਇੰਨੀ ਠੰਡ 'ਚ ਵੀ ਜਦੋਂ ਮੈਂ ਇਹਨੂੰ ਲੈ ਕੇ ਆਉਂਦੀ ਹਾਂ ਤਾਂ ਵੀ ਮੇਰੇ ਮਨ ਜਾਂਦਾ ਕਿ ਹਾਏ ਇੰਨੀ ਠੰਡ ਹੈ। ਤੇ ਫਿਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਜੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਜੋੜਦੇ ਰਹਾਂਗੇ, ਠੀਕ ਹੈ ਨਾ ਜੀ, ਤਾਂ ਹੀ ਅਸੀਂ ਉਹਨਾਂ ਦੇ ਸਦਕਾ ਅੱਜ ਅਸੀਂ ਜਾਣੇ ਪਛਾਣੇ ਜਾਂਦੇ ਹਾਂ ਤੇ ਇਹਦਾ ਅਸੀਂ ਸਿਜਦਾ ਕਰਨ ਆਉਂਦੇ ਹਾਂ। ਇਸੇ ਕਰਕੇ ਅਸੀਂ ਇਹਨਾਂ ਨੂੰ ਤਿਆਰ ਕਰਦੇ ਹਾਂ ਉਨੇ ਹੀ ਚਾਵਾਂ ਤੇ ਉਨੇ ਹੀ ਪਿਆਰ ਨਾਲ। ਪੂਰਾ ਸਾਲ ਅਸੀਂ ਇਸ ਦਿਨ ਦਾ ਇੰਤਜ਼ਾਰ ਕਰਦੇ ਹਾਂ। ਸਾਰੇ ਸਕੂਲਾਂ 'ਚ ਛੁੱਟੀਆਂ ਹੁੰਦੀਆਂ, ਸਾਡੇ ਸਕੂਲ 'ਚ ਇਸ ਰਾਤ ਅਸੀਂ ਸਾਰੇ ਬੱਚਿਆਂ ਨੂੰ ਨਾਈਟ ਸਟੇ ਕਰਾਉਂਦੇ ਹਾਂ ਤੇ ਸਵੇਰੇ ਇੱਥੇ ਲਿਆ ਕੇ ਸਿਜਦਾ ਕਰਕੇ ਫਿਰ ਛੁੱਟੀਆਂ ਕਰਾਂਗੇ। ਹੁਣ ਅਸੀਂ ਤਾਂ ਇਹ ਤਸਵੀਰਾਂ ਦੇਖ ਕੇ ਥੋੜਾ ਜਿਹਾ ਮਨ ਜਿਹੜਾ ਉਹ ਭਾਵੁਕ ਹੋਇਆ। ਤਾਂ ਅਸੀਂ ਤੁਹਾਡੇ ਨਾਲ ਕਾਫੀ ਕੁਛ ਜਿਹੜਾ ਕਿ ਸਾਂਝਾ ਕਰ ਰਹੇ ਹਾਂ। ਸੂਰਮਾ ਤੁਸੀਂ ਦੇਖ ਸਕਦੇ ਹੋ ਤਾਂ ਪੁਰਜਾ ਪੁਰਜਾ ਕੱਟ ਮਾਰੈ ਕਬੂ ਨਾ ਛਾੜੈ ਖੇਤ। ਇਹ ਵੀ ਗੁਰਬਾਣੀ ਦੀਆਂ ਤੁਕਾਂ ਨੇ। ਤਾਂ ਅਸੀਂ ਤੁਹਾਡੇ ਨਾਲ ਅੱਜ ਇਹ ਤਸਵੀਰ ਪੂਰੇ ਜਾਹੋ ਜਲਾਲ ਦੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਅੱਜ ਦੇ ਦਿਨ ਇੱਥੇ ਅਰਦਾਸਾਂ ਹੋ ਰਹੀਆਂ ਨੇ, ਭੋਗ ਨੇ ਜਿਹੜੇ ਉਹ ਪਾਏ ਜਾ ਰਹੇ ਨੇ। ਤਾਂ ਪੂਰੇ ਪੰਜਾਬ ਕੀ ਪੂਰੀ ਦੁਨੀਆ ਚੋਂ ਇਸ ਜਗ੍ਹਾ ਤੇ ਸੰਗਤ ਪਹੁੰਚੀ ਆ। ਇਸ ਜਗ੍ਹਾ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਛੋਟੇ ਫਰਜ਼ੰਦਾਂ ਨੇ ਸਿੱਖੀ ਦੀਆਂ ਨੀਹਾਂ ਪੱਕੀਆਂ ਕਰਤੀਆਂ ਸੀ। ਜਦੋਂ ਕੰਧ ਗੋਡਿਆਂ ਤੱਕ ਪਹੁੰਚਦੀ ਆ ਤਾਂ ਜ਼ਾਲਮ ਹਕੂਮਤ ਦੇ ਵੱਲੋਂ ਕਿਹਾ ਜਾਂਦਾ ਕਿ ਇੱਟ ਨਹੀਂ ਉੱਥੋਂ ਕੱਢਣੀ, ਉੱਥੋਂ ਕੋਈ ਮੋਗਾ ਨਹੀਂ ਰੱਖਣਾ, ਉੱਥੋਂ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਚੱਪਣੀਆਂ ਨੇ ਉਹਨਾਂ ਨੂੰ ਲਾਹ ਦਿੱਤਾ ਜਾਂਦਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਨਗਾਰੇ ਵੱਜਦੇ ਦਿਖਾ ਦੇ ਇੱਕ ਵਾਰ। ਇਹ ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਨਗਾਰੇ। ਇਹ ਜੁਗਾਂ ਜੁਗਾਂ ਤੱਕ ਗੂੰਜਦੇ ਰਹਿਣੇ ਆ। ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਅੱਜ ਮੰਤਵੀ ਬਿਗਲ ਵਜਾਉਣ ਵਾਲੇ ਨਗਾਰਿਆਂ ਨੂੰ ਜ਼ਰੂਰ ਸੁਣ ਲੈਣ। ਜੇਕਰ ਆਵਾਜ਼ ਨਹੀਂ ਸੁਣਦੀ ਤਾਂ ਅਸੀਂ ਸੁਣਾਉਣ ਦੀ ਕੋਸ਼ਿਸ਼ ਕਰ ਦਿੰਦੇ ਹਾਂ।
ਨਗਾਰਿਆਂ ਦੀ ਆਵਾਜ਼ ਆ। ਜਿਹੜੇ ਕਹਿੰਦੇ ਸੀ ਕਿ ਮੰਤਵੀ ਬਿਗਲ ਵੱਜਣੇ ਆ, ਮੰਤਵੀ ਬਿਗਲ ਵਜਾਏ ਜਾਣਗੇ, ਅੱਜ ਅਸੀਂ ਉਹ ਨਗਾਰਿਆਂ ਦੀ ਆਵਾਜ਼ ਜਿਹੜੀ ਕਿ ਸੁਣਾ ਦਿੱਤੀ ਆ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸਮਝ ਆ ਜਾਵੇ ਕਿ ਗਾਂ ਨੂੰ ਅਜਿਹੇ ਬਿਆਨ ਨਾ ਦਿੱਤੇ ਜਾਣ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਕੁਝ ਜਿਹੜਾ ਕਿ ਜ਼ਾਹਰ ਹੋਣ ਵਾਲਾ, ਉਜਾਗਰ ਹੋਣ ਵਾਲਾ, ਜੋ ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਮਿੰਟ ਆ ਜਾਣਾ। ਵੀ ਕੀਤੇ ਗਏ, ਕਿਹਾ ਵੀ ਗਿਆ ਕਿ ਮੰਤਵੀ ਬਿਗਲ ਵਜਾਏ ਜਾਣੇ ਨੇ। ਅੱਜ ਇਸ ਜਗ੍ਹਾ ਤੇ ਜੋ ਜਾਹੋ ਜਲਾਲ ਸੰਗਤ ਦਾ ਦੇਖਣ ਨੂੰ ਮਿਲ ਰਿਹਾ, ਉਸ ਨੂੰ ਕੀ ਮਹਿਸੂਸ ਕੀ ਕਰ ਰਹੇ ਹੋ, ਜੋ ਚੜ੍ਹਦੀ ਕਲਾ ਦਾ ਅੱਜ ਇੱਕ ਪ੍ਰਤੀਕ ਆ? ਦੇਖੋ, ਜਿਹੜਾ ਮਾਤਮ ਹੈ ਉਹ ਮੌਤ ਦਾ ਹੁੰਦਾ, ਸ਼ਹਾਦਤ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਸ਼ਰਧਾ ਸਤਿਕਾਰ ਦੇਣਾ ਛੋਟੇ ਸਾਹਿਬਜ਼ਾਦਿਆਂ ਨੂੰ ਹੋਰ ਗੱਲ ਹੈ, ਲੇਕਿਨ ਜਿਹੜਾ ਖਾਲਸਾ ਹੈ ਸ਼ਹਾਦਤ ਤੇ ਚੜ੍ਹਦੀ ਕਲਾ 'ਚ ਹੁੰਦਾ, ਮਾਤਮ ਨਹੀਂ ਹੁੰਦਾ। ਜਿਹੜੇ ਛੋਟੇ ਸਾਹਿਬਜ਼ਾਦੇ ਆ, ਜਿੱਥੇ ਮੁਗਲ ਹਕੂਮਤ ਨੇ ਜਿਹੜੇ ਕਹਿਰ ਤੇ ਜ਼ੁਲਮ ਦੇ ਹੱਦਾਂ ਬੰਨੇ ਟੱਪਤੇ, ਉੱਥੇ ਛੋਟੇ ਸਾਹਿਬਜ਼ਾਦਿਆਂ ਨੇ ਨਿਰਭੈਤਾ ਤੇ ਸੂਰਬੀਰਤਾ ਉਹਦੀ ਚੋਟੀ ਤੇ ਪਹੁੰਚ ਗਏ, ਉਹਦੇ ਸਿਖਰ ਤੇ ਪਹੁੰਚ ਗਏ। ਇਸ ਕਰਕੇ ਇਹ ਜਿਹੜਾ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅਸੀਂ ਜਿਹੜਾ ਹੈ ਦੇਖੋ, ਜਿਹੜੇ ਹੈ ਸ਼ਹਾਦਤਾਂ ਨੂੰ ਜਿਹੜਾ ਪ੍ਰਣਾਮ ਕੀਤਾ ਜਾਂਦਾ ਹੈ, ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ, ਉਹ ਜਕਾਰਿਆਂ ਤੇ ਨਗਾਰਿਆਂ ਦੀ ਗੂੰਜ ਨਾਲ ਕੀਤਾ ਜਾਂਦਾ ਹੈ। ਚਲੋ ਅੱਛੀ ਗੱਲ ਹੈ ਕਿ ਉਹਨਾਂ ਨੇ ਇਹ ਵਾਪਸ ਲੈ ਲਿਆ, ਪਰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸਿੱਖ ਇਤਿਹਾਸ ਕੀ ਹੈ, ਸਿੱਖ ਪਰੰਪਰਾਵਾਂ ਕੀ ਨੇ। ਤੇ ਜਿਹੜਾ ਹੈ ਸ਼ਹਾਦਤ ਇੱਕ ਬਹੁਤ ਉਚਾਈ ਤੇ ਮੰਨੀ ਗਈ ਹੈ ਸਿੱਖ ਧਰਮ ਦੇ ਵਿੱਚ, ਸਾਰੀ ਮਨੁੱਖਤਾ ਦੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਸੀ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮਿਲੇ ਸੀ। ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਨਾਲ ਪਹਿਲਾਂ ਹੀ ਕਿਹਾ ਸੀ ਕਿ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਹੂਬਹੂ ਉਹ ਤਸਵੀਰ ਸਾਹਮਣੇ ਆ ਰਹੀ ਆ ਕਿ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਮਾਈਆਂ ਭੈਣਾਂ ਲੜਦੀਆਂ ਹੁੰਦੀਆਂ ਸੀ, ਤਾਂ ਇਹ ਬਹੁਤ ਜ਼ਰੂਰੀ ਆ ਹਰ ਇੱਕ ਦੇ ਲਈ। ਗੱਤਕਾ ਜਿਹੜਾ ਸਿੱਖਣਾ ਬਹੁਤ ਜ਼ਰੂਰੀ ਆ। ਜਿਵੇਂ ਅੱਜ ਮਾਰਸ਼ਲ ਆਰਟ ਕਹਿ ਦਿੰਦੇ ਨੇ ਕਿ ਉਹ ਸਿੱਖਣਾ ਜ਼ਰੂਰੀ ਆ, ਤਾਂ ਇਹ ਵੀ ਬਹੁਤ ਜ਼ਰੂਰੀ ਆ। ਲਾਹੀ ਬਾਣੀ ਦਾ ਜਿਹੜਾ ਪ੍ਰਤੀਕ ਆ, ਲਾਹੀ ਬਾਣੀ ਜਿਹੜੀ ਕਿ ਸ਼ਕਤੀ ਦਿੰਦੀ ਆ, ਬਿਰਧ ਭਰਦੀ ਆ। ਤੇ ਕਿੰਨੇ ਸੋਹਣੇ ਲੱਗਦੇ ਨੇ, ਸਿਰਾਂ ਤੇ ਦਸਤਾਰਾਂ ਦਮਾਲੇ ਸਜੇ ਨੇ ਤੇ ਆਪਣੇ ਪੁਰਾਤਨ ਇਤਿਹਾਸ ਦੇ ਨਾਲ ਜੁੜੇ ਹੋਏ ਨੇ।
ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਤੋਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਇਹ ਤਸਵੀਰਾਂ ਤੁਹਾਨੂੰ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਦਿਖਾਵਾਂਗੇ। ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੋਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੂੰ ਅੱਜ ਮਨਾਇਆ ਜਾ ਰਿਹਾ। ਸੰਗਤਾਂ ਕਾਫੀ ਜਿਹੜੀਆਂ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਅੱਜ ਲਾਸਟ ਦਿਨ ਆ ਜਿਹੜਾ ਕਿ ਇੱਥੇ ਸਭਾ ਦਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਸਭਾ ਗੀ ਸ਼ਹੀਦੀ ਸਭਾ ਗੀ, ਜਿਸ ਸਭਾ ਦੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੀ ਹਾਲ ਹੈ ਜੀ, ਕਿਵੇਂ ਹੋ, ਠੀਕ ਹੋ? ਕਿਵੇਂ ਰਿਹਾ ਅੱਜ ਦਾ ਜੋ ਸਮਾਗਮ ਸ਼ਹੀਦੀ ਸਮਾਗਮ ਸੀਗਾ, ਉਸ ਨੂੰ ਦੇਖਦੇ ਹੋ? ਇੱਥੇ ਆਈ ਵਾਰ ਮਿਲਦੇ ਆਂਗੇ ਤੇ ਸੋਗ ਵੀ ਆ ਤੇ ਚੜ੍ਹਦੀ ਕਲਾ ਦੇ ਜੈਕਾਰੇ ਵੀ ਗੂੰਜਦੇ ਆ। ਇਹਨਾਂ ਦਿਨਾਂ ਦੇ ਵਿੱਚ ਆਪਾਂ ਕੋਈ ਜ਼ਿਆਦਾ ਕੁਝ ਬੋਲ ਨਹੀਂ ਸਕਦੇ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਨੇ ਤੇ ਸਾਰੀਆਂ ਸੰਗਤਾਂ ਵਿਰਾਗਮਈ ਢੰਗ ਦੇ ਵਿੱਚ ਇੱਥੇ ਨਤਮਸਤਕ ਹੋ ਰਹੀਆਂ ਨੇ ਤੇ ਜੈਕਾਰੇ ਗੂੰਜ ਰਹੇ ਨੇ ਸਤਿਗੁਰਾਂ ਦੀ ਕਿਰਪਾ ਦੇ ਗੈਲ। ਤੁਸੀਂ ਆ ਦੇਖਦੇ ਹੋ ਵੀ ਨਗਰ ਕੀਰਤਨ ਕੱਢੇ ਜਾ ਰਹੇ ਨੇ। ਪਾਲਕੀ ਸਾਹਿਬ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚ ਜਾਵੇਗਾ। ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਜਿਵੇਂ ਬਾਈ ਨੇ ਦੱਸਿਆ ਕਿ ਅਸੀਂ ਜ਼ਿਆਦਾ ਬੋਲ ਨਹੀਂ ਸਕਦੇ ਹੁੰਦੇ ਕਿਉਂਕਿ ਚੜ੍ਹਦੀ ਕਲਾ ਦੇ ਜੈਕਾਰੇ ਜ਼ਰੂਰ ਗੂੰਜਣਗੇ। ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਜ਼ਰੂਰ ਲੱਗਣਗੇ। ਪਿੱਛੇ ਜੇ ਗੱਲਾਂ ਚੱਲੀਆਂ ਕਿ ਇੱਥੇ ਮੰਤਵੀ ਬਿਗਲ ਵਜਾਏ ਜਾਣ, ਅੱਜ ਜਿਨ੍ਹਾਂ ਨੇ ਉਹ ਟਵੀਟ ਕਰੇ, ਜਿਨ੍ਹਾਂ ਨੇ ਉਹ ਕਈਆਂ ਗੱਲਾਂ ਜਾਂ ਜਿਨ੍ਹਾਂ ਨੇ ਉਹ ਸ਼ੇਅਰਿੰਗ ਕਰੀਆਂ ਤਾਂ ਉਹ ਇਹ ਤਸਵੀਰ ਨੂੰ ਅੱਜ ਜ਼ਰੂਰ ਦੇਖਣ। ਇੱਥੇ ਅੱਜ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਣਗੇ। ਇੱਥੇ ਅੱਜ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਕਿ ਨਗਰ ਕੀਰਤਨ ਆ ਇਹ ਦਰਸਾਉਂਦਾ, ਇਹ ਦੱਸਦਾ ਕਿ ਜਦੋਂ ਹਕੂਮਤ ਨੇ ਸਜ਼ਾ ਦੇਣ ਦੀ ਗੱਲ ਕੀਤੀ ਤਾਂ ਉਦੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ। ਉਦੋਂ ਛੋਟੇ ਸਾਹਿਬਜ਼ਾਦਿਆਂ ਦੇ ਵੱਲੋਂ ਵੱਡੇ ਜਿਹੜੇ ਕਿ ਸਾਕੇ ਸੀ ਉਹ ਕੀਤੇ ਗਏ। ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ ਇਸ ਧਰਤੀ ਤੇ। ਇਸ ਧਰਤੀ ਨੂੰ ਸਜਦਾ ਕਰੀਦਾ ਕਿ ਜਦੋਂ ਇੱਥੇ ਸੰਗਤ ਆਉਂਦੀ ਹੈ ਤਾਂ ਸੰਗਤ ਦੇ ਵੱਲੋਂ ਬਹੁਤ ਜੋਸ਼ ਦੇ ਨਾਲ, ਬਹੁਤ ਹੋਸ਼ ਦੇ ਨਾਲ ਜਿਹੜਾ ਕਿ ਇੱਥੇ ਆ ਕੇ ਮੱਥਾ ਟੇਕੀਦਾ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਦਾ। ਤਾਂ ਮੁਲਾਜ਼ਮ ਨੇ ਸਰ 3-4 ਦਿਨ ਹੋ ਗਿਆ ਲਗਾਤਾਰ ਡਿਊਟੀ ਆ, ਸੰਗਤ ਦਾ ਉਹਨਾਂ ਨਾਲ ਵੀ ਕਰ ਲਾਂਗੇ। ਤੁਸੀਂ ਵੀ ਤਾਂ ਮੁਲਾਜ਼ਮ ਸੇਵਾਦਾਰ ਹੋ? ਹਾਂ ਸੇਵਾਦਾਰ। ਤਾਂ ਅਸੀਂ ਇੱਧਰ ਵੀ ਚਲੋ ਇਹਨਾਂ ਦੀ ਮਜਬੂਰੀ ਹੁੰਦੀ ਆ। ਸਰ ਮਾਹੌਲ ਕਿਵੇਂ ਦਾ ਲੱਗ ਰਿਹਾ ਜਿਹੜਾ ਇੱਥੇ ਸ਼ਹੀਦੀ ਸਭਾ ਦਾ ਮਾਹੌਲ ਹੁੰਦਾ? ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਨੇ, ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ। ਵੇਖੋ ਜੀ, ਇਹ ਤੇ ਹੁਣ ਗੱਲ ਕਹਿਣ ਵਾਲੀ ਤੇ ਕਰਨ ਵਾਲੀ ਨਹੀਂ ਹੈ। ਜਿਹੜੇ ਇੱਥੋਂ ਦਾ ਇਤਿਹਾਸ ਹੈ ਉਹ ਤਾਂ ਹਰ ਸਿੱਖ ਨੂੰ ਪਤਾ ਹੈ। ਤੇ ਲੂੰ ਕੰਡੇ ਖੜੇ ਕਰਨ ਵਾਲਾ ਇਤਿਹਾਸ ਹੈ ਇੱਥੇ ਦਾ। ਆਪਣੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ 2 ਛੋਟੇ ਸਾਹਿਬਜ਼ਾਦੇ ਇੱਥੇ ਜਿਹੜੇ ਨੀਹਾਂ 'ਚ ਉਹ ਚੁਣੇ ਗਏ ਨੇ ਤੇ ਚਿਣ ਕੇ ਉਹ ਇੱਥੇ ਸ਼ਹੀਦ ਕੀਤੇ ਗਏ ਨੇ। ਉਸ ਮੌਕੇ ਦੀ ਸਰਕਾਰ ਵੱਲੋਂ ਮਾਹੌਲ ਤੇ ਹੁਣ ਲੋਕੀ ਇੱਥੇ ਜਿਹੜੀ ਵੀ ਸੰਗਤ ਆਉਂਦੀ ਆ ਬੜੀ ਸ਼ਰਧਾ ਦੇ ਨਾਲ ਆਪਣੇ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਆਉਂਦੀ ਹੈ। ਉਹਨਾਂ ਦੀਆਂ ਮਤਲਬ ਸਭਾ ਨੂੰ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਤੇ ਬੜਾ ਵਧੀਆ ਮਾਹੌਲ ਹੈ। ਲੰਗਰ ਗੁਰੂ ਮਹਾਰਾਜ ਦੇ ਪਾਤਸ਼ਾਹ ਸੰਗਤ ਨੇ ਲਾਏ ਹੋਏ ਆ ਤੇ ਬੜਾ ਵਧੀਆ ਮਾਹੌਲ ਹੈ, ਸੇਫ ਹੈ। ਕੋਈ ਦਿੱਕਤ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਜਿੱਦਾਂ ਤੁਹਾਡੀ ਡਿਊਟੀਆਂ ਲੱਗਦੀਆਂ ਨੇ, ਆਈ ਵਾਰ ਤੁਸੀਂ ਇੱਥੇ ਆਉਂਦੇ ਹੋ, ਕੋਈ ਅਜਿਹੀ ਸ਼ਰਾਰਤੀ ਅਨਸਰ ਵੀ ਕਈ ਵਾਰ ਵੜ ਜਾਂਦੇ ਨੇ ਅਜਿਹੇ ਇਕੱਠਾਂ ਦੇ ਵਿੱਚ ਜੀ ਜਦੋਂ ਇੱਥੇ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਜਿਹੜਾ ਕਿ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ? ਵੇਖੋ ਜੀ, ਇੱਕ ਚੀਜ਼ ਜਿਹੜੀ ਹੋ ਜਾਣੀ ਨਾ, ਇੱਕ ਪਾਸਾ ਪਲਟ ਜਾਣਾ, ਉਹ ਤਾਂ ਯੁੱਗ ਪਲਟਣ ਦੇ ਪ੍ਰਤੀਕ ਹੁੰਦਾ। ਜੇ ਇੱਥੇ ਮੰਨ ਲਓ ਦੁਨੀਆ ਤੇ ਇੱਕ ਬੰਦਾ ਵੀ ਕਿਸੇ ਦੂਜੇ ਕਿਸਮ ਦਾ ਹੈਗਾ ਤੇ ਉਹ ਮਤਲਬ ਹੁੰਦਾ ਵਾ। ਜੇ ਮੰਨ ਲਓ ਸਾਰੇ ਸੰਤੀ ਬਣ ਗਏ ਤੇ ਯੁੱਗ ਪਲਟੀ ਹੋ ਜਾਣਾ। ਜੇ ਸਾਰੇ ਚੋਰ ਬਣ ਗਏ ਤਾਂ ਵੀ ਯੁੱਗ ਪਲਟੀ ਹੋ ਜਾਣਾ। ਹਰ ਤਰ੍ਹਾਂ ਦੀ ਦੁਨੀਆ ਇੱਥੇ ਆਉਂਦੀ ਹੈ, ਠੀਕ ਨਹੀਂ? ਚੋਰ ਵੀ ਆਸਤਾ ਲੈ ਕੇ ਆਉਂਦਾ ਵੀ ਮੈਨੂੰ ਇੱਥੇ ਕੋਈ ਨਾ ਕੋਈ ਮਿਲ ਜੂਗਾ। ਹਰ ਬੰਦੇ ਦੀ ਆਸਤਾ ਹੁੰਦੀ ਆਪਣੀ ਆਪਣੀ, ਉਸ ਹਿਸਾਬ ਨਾਲ ਹਰ ਬੰਦਾ ਇੱਥੇ ਆਉਂਦਾ। ਲੈਣ ਵਾਸਤੇ ਆਉਂਦਾ, ਜੋ ਆਉਂਦਾ ਇੱਥੇ ਕੋਈ ਲੈਣ ਵਾਸਤੇ ਆਉਂਦਾ, ਦੇਣ ਵਾਸਤੇ ਕੋਈ ਕਿਸੇ ਨੂੰ ਉਹ ਨਹੀਂ ਆਉਂਦਾ। ਓਕੇ, ਥੈਂਕ ਯੂ। ਤਾਂ ਇੱਥੇ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਲੱਗੀ ਆ ਪਿਛਲੇ 3-4 ਦਿਨਾਂ ਤੋਂ ਇੱਥੇ ਨੇ। ਜਦੋਂ ਸ਼ਹੀਦੀ ਸਭਾ ਦੇ ਦਿਨ ਨੇੜੇ ਆਉਂਦੇ ਨੇ ਤਾਂ ਉਦੋਂ ਸੰਗਤਾਂ ਦੇ ਵਿੱਚ ਇੱਕ ਜਿਹੜਾ ਚਾਅ ਗਾ ਉਹ ਹੁੰਦਾ ਗਾ ਕਿ ਅੱਜ ਦੇ ਦਿਨ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੀ। ਤਾਂ ਇਹ ਵੀ ਇੱਕ ਇਤਿਹਾਸ ਦਾ ਹੀ ਅੰਗ ਆ ਜਿਹੜਾ ਕਿ ਗੱਤਕਾ ਖੇਡਿਆ ਜਾਂਦਾ। ਇਹ ਵੀ ਇੱਕ ਇਤਿਹਾਸ ਦਾ ਅੰਗ ਆ। ਇੱਥੇ ਸੰਗਤ ਆ ਜਿਹੜੀ ਉਹ ਖੜੀ ਹੋਈ ਆ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇਹ ਤਸਵੀਰਾਂ
ਤੁਹਾਨੂੰ ਦਿਖਾਈਆਂ ਜਾਣ। ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜਿਹੜਾ ਕਿ ਸਾਹਮਣੇ ਆਵੇਗਾ। ਅਸੀਂ ਤੁਹਾਡੇ ਨਾਲ ਇੱਥੋਂ ਦੀਆਂ ਜਿਹੜੀਆਂ ਕਿ ਤਸਵੀਰਾਂ ਅੱਜ ਸਾਂਝੀਆਂ ਕਰਾਂਗੇ। ਸ਼ਹੀਦੀ ਸਭਾ ਦੀਆਂ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਕਿਸ ਤਰ੍ਹਾਂ ਜਿਹੜੀਆਂ ਕਿ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਜਿਹੜਾ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾ ਰਹੇ ਨੇ। ਨਿਹੰਗ ਸਿੰਘ ਫੌਜਾਂ ਦੇ ਵੱਲੋਂ ਜਿਹੜੀ ਕਿ ਆਪਣੀ ਕਲਾ ਗੀ ਉਹ ਇੱਥੇ ਦਰਸਾਈ ਜਾਂਦੀ ਆ, ਵਰਤਾਈ ਜਾਂਦੀ ਆ। ਤਾਂ ਇਹ ਗੁਰੂ ਦੀ ਕਲਾ ਗੀ। ਇਸ ਧਰਤੀ ਦੇ ਉੱਪਰ ਜਿਹੜੀ ਕਿ ਅਕਾਲ ਪੁਰਖ ਦੀ ਕਲਾ ਵਰਤਦੀ ਆ। ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ ਇਹ ਦਿਨ। ਜਦੋਂ ਕਿਹਾ ਗਿਆ ਕਿ ਇੱਕ ਮੰਤਵੀ ਬਿਗਲ ਵੱਜੂਗਾ ਤਾਂ ਫਿਰ ਸੰਗਤਾਂ ਨੇ ਦੱਸਿਆ ਕਿ ਮੰਤਵੀ ਬਿਗਲ ਨਹੀਂ ਹੁੰਦੇ, ਨਗਾਰੇ ਵੱਜਦੇ ਹੁੰਦੇ ਨੇ। ਚੜ੍ਹਦੀ ਕਲਾ ਦਾ ਪ੍ਰਤੀਕ ਸੀ ਉਦੋਂ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜੇ ਸੀ। ਉਦੋਂ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਭਾਣਾ ਮੰਨਿਆ ਸੀ। ਇਹ ਕਾਫੀ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਮੰਤਵੀ ਬਿਗਲ ਵੱਜਣਗੇ, ਇਹ ਹੋਊਗਾ, ਉਹ ਹੋਊਗਾ, ਪਰ ਇਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਜੀ। ਇਹ ਤਾਂ ਸ਼ੁਰੂ ਤੋਂ ਹੀ ਨੇ ਸਿੱਖ ਪੰਥ ਜੂਝਦਾ ਹੋਇਆ। ਸਿੱਖ ਪੰਥ ਜੂਝਣ ਕਰਕੇ ਖਾਲਸਾ ਜਕਾਰੇ ਚੱਲਦੇ ਨੇ, ਬਿਗਲ ਨਹੀਂ ਚੱਲਦੇ ਉਰੇ। ਖਾਲਸਾ ਦਾ ਬੋਲ ਵਾਲਾ ਹੁੰਦਾ, ਖਾਲਸੇ ਜਕਾਰੇ ਲੱਗਦੇ ਨੇ। ਕਿ ਇਹ ਮਾਹੌਲ ਨੂੰ ਜਦੋਂ ਦੇਖਦੇ ਹੋ ਮਨ ਨੂੰ ਇੱਕ ਰੁੱਗ ਵੀ ਭਰਿਆ ਜਾਂਦਾ, ਅੰਦਰੋਂ ਹੌਂਕਾ ਵੀ ਆਉਂਦਾ। ਚੜ੍ਹਦੀ ਕਲਾ ਇਹ ਸਾਡੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਛੋਟੀਆਂ ਜਿੰਦਾਂ ਵੱਡਾ ਸਾਕਾ। ਜਦੋਂ ਆਪਣੀ ਦੇਖੋ ਜਿੰਦ ਕੁਛ ਨਹੀਂ ਹੁੰਦੀ ਬੰਦੇ ਜਿਹੜਾ ਅੰਦਰ ਹੈ, ਅੰਦਰ ਦੀ ਆਤਮਾ ਹੈ ਜਾਂ ਸਾਡੀ ਅੰਦਰ ਉਹਨਾਂ ਦੀ ਕੀ ਸਾਹਿਬਜ਼ਾਦਿਆਂ ਦੀ ਆਤਮਾ ਮਾਰਨੀ ਚਾਹੁੰਦੇ ਸੀਗੇ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾਂਦੇ ਨੇ। ਇੱਧਰ ਤਸਵੀਰ ਦਿਖਾ। ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ। ਤਾਂ ਦੇਖ ਰਹੇ ਹੋ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਵਾਰੀ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ। ਕਿੰਨੀ ਉਮਰ ਆ ਬਜ਼ੁਰਗੋ ਤੁਹਾਡੀ? 65 ਤੋਂ ਉੱਪਰ ਆ ਜੀ। 65 ਤੋਂ ਉੱਪਰ। ਹਾਂਜੀ। ਬਾਬਾ ਦੀਪ ਸਿੰਘ ਦੀ ਯਾਦ ਦਿਵਾਤੀ ਆ ਜਦੋਂ ਬਾਬਾ ਦੀਪ ਸਿੰਘ ਨੇ ਖੰਡੇ ਦੀ ਗੱਲ ਕੀਤੀ, ਕਿਹਾ ਕਿ ਜਿਹੜੇ ਨੂੰ ਜਾਣ ਪਿਆਰੀ ਉਹ ਇਸ ਲਕੀਰ ਤੋਂ ਪਿੱਛੇ ਮੁੜ ਜਾਓ, ਜਿਨ੍ਹਾਂ ਨੂੰ ਗੁਰੂ ਪਿਆਰਾ ਉਹ ਅੱਗੇ ਆ ਜਾਓ। ਸਹੀ ਹੈ ਜੀ। ਅੱਜ ਜਦੋਂ ਤੁਸੀਂ ਗੱਤਕਾ ਖੇਡ ਰਹੇ ਸੀ ਤਾਂ ਉਹ ਯਾਦ ਆ ਗਈ, ਉਹ ਕਥਾ ਜਿਹੜੀ ਉਹ ਕਹਾਣੀ ਇਹ ਜਦਾ ਹੀ ਯਾਦ ਆ ਸਿੰਘਾਂ ਨੂੰ। ਸਿੰਘਾਂ ਦੇ ਹਿਰਦੇ ਵਿੱਚ ਜਿੰਨੇ ਗੱਤਕੇ ਸਭ ਦੇ ਹਿਰਦੇ ਤੋਂ ਬਾਹਰ ਕਿਤੇ ਨਹੀਂ ਗਏ। ਮਹਾਰਾਜ ਨਾਲ ਹੀ ਨੇ। ਦੇਖ ਸਕਦੇ ਹੋ ਕਿ ਜੀ ਬਈ ਜਿਨ੍ਹਾਂ ਜਨਮ ਲਿਆ ਖੰਡੇ ਦੀ ਧਾਰ ਵਿੱਚੋਂ ਉਹਨਾਂ ਸਿੰਘਾਂ ਨੇ ਪੁੱਤ ਸਰਦਾਰ ਜੰਮਣੇ। ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਕਈ ਅਜੀਤ ਜੰਮਣੇ, ਕਈ ਜੁਝਾਰ ਜੰਮਣੇ। ਸਿੱਖ ਕੌਮ ਨਾ ਕਿਸੇ ਦੀ ਈਨ ਮੰਨੇ, ਇਹਨਾਂ ਪੰਡ ਗੁਲਾਮੀ ਦੀ ਚੁੱਕਣੀ ਰਹੀ। ਇਹਨਾਂ ਨੂੰ ਮਾਰਦਿਆਂ ਮੁੱਕ ਗਈ ਕੁੱਲ ਦੁਨੀਆ, ਇਹ ਕਿਸੇ ਦੇ ਮਾਰਿਆ ਮੁੱਕਣੀ ਰਹੀ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹੀ ਇੱਕ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਹ ਜੋ ਗੱਤਕਾ ਖੇਡਿਆ ਜਾਂਦਾ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਸ ਨੂੰ ਦੇਖ ਕੇ
ਇਹ ਕਿਹਾ ਜਾਂਦਾ ਕਿ ਜਿਸ ਦੀ ਰਗਾਂ ਦੇ ਵਿੱਚ ਖੂਨ ਖੋਲਣ ਲੱਗ ਜਾਂਦਾ। ਤੁਸੀਂ ਦੇਖ ਸਕਦੇ ਹੋ ਇੱਥੇ ਪੁਰਾਤਨ ਸ਼ਾਸਤਰ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇੱਥੇ ਸ਼ਾਸਤਰ ਨੇ ਉਹ ਵੀ ਨਾਲ ਦਿਖਾਏ ਜਾਂਦੇ ਨੇ, ਨਾਲ ਉਹਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਆ। ਤਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਆਉਂਦੀਆਂ ਨੇ ਤੁਕਾਂ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕੋਈ ਕਿਸੇ ਕੋ ਰਾਜ ਨਾ ਦੇਹੋ, ਜੋ ਲੇਹੋ ਨਿਜ ਵੱਲ ਸੇ ਲੇਹੋ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਜੋ ਭਾਰੀ ਇਕੱਠ ਆ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ। ਤਾਂ ਅੱਗੇ ਪਿਛਲੇ ਪਾਸੇ ਬਹੁਤ ਸਾਰੀ ਜਿਹੜੀ ਕਿ ਸੰਗਤ ਆ ਉਹ ਚੱਲਦੀ ਅੱਗੇ ਜਾ ਰਹੀ ਆ। ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ। ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ। ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਆ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਚਿਣ ਰਹੇ ਨੇ ਜਿਹੜੇ ਜਲਾਦ ਨੇ, ਉਹ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣ ਰਹੇ ਨੇ। ਤਾਂ ਇਹ ਤਸਵੀਰ ਬਹੁਤ ਕੁਝ ਆ ਜਿਹੜਾ ਕਿ ਬਿਆਨ ਕਰਦੀ ਆ। ਤਾਂ ਇਸ ਦੇ ਉੱਪਰ ਗੁਰਬਾਣੀ ਦੀਆਂ ਤੁਕਾਂ ਜੋ ਲਿਖੀਆਂ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਗਲੀ ਮੇਰੀ ਆਓ, ਇਤ ਮਾਰਗ ਚ ਪੈਰ ਧਰੀ ਜੇ, ਸਿਰ ਦੀਜੇ ਕਾਜ ਨਾ ਕੀਜੇ। ਤਾਂ ਇਹ ਤਸਵੀਰਾਂ ਦੇ ਵਿੱਚ ਜੋ ਕੁਝ ਬਿਆਨ ਹੁੰਦਾ ਤਾਂ ਹੂਬਹੂ ਉਹ ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਬਿਲਕੁਲ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ ਜਦੋਂ ਇਹ ਦਿਨ ਚੱਲਦੇ ਨੇ। ਜਦੋਂ ਅਸੀਂ ਉਸ ਦਰਬਾਰ ਸਾਹਿਬ ਉਸ ਕੰਧ ਦੇ ਕੋਲ ਜਾਂਦੇ ਆ ਤਾਂ ਵਜੀਦੇ ਖਾਨ ਦੀਆਂ ਤਸਵੀਰਾਂ ਆਉਂਦੀਆਂ ਨੇ ਸਾਹਮਣੇ ਕਿ ਕਿਸ ਤਰ੍ਹਾਂ ਦੇ ਜ਼ਾਲਮ ਸੀ ਉਸ ਸਮੇਂ ਦੀ ਹਕੂਮਤ, ਕਿਸ ਤਰ੍ਹਾਂ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੇ ਚੜ੍ਹਦੀ ਕਲਾ ਦੇ ਜਕਾਰੇ ਛੱਡੇ ਸੀ। ਉਦੋਂ ਵੀ ਕਹਿੰਦੇ ਸੀ ਕਿ ਸੂਬਿਆ ਸਾਨੂੰ ਤੇਰੀ ਈਨ ਪਿਆਰੀ ਨਹੀਂ, ਸਾਨੂੰ ਗੁਰੂ ਪਿਆਰਾ ਤੇ ਸਾਨੂੰ ਕੌਮ ਪਿਆਰੀ ਆ। ਇਸ ਨੀਹਾਂ ਦੇ ਵਿੱਚ ਜਿਹੜੀ ਨੀਂਹ ਧਰ ਕੇ ਗਏ ਨੇ ਸਿੱਖੀ ਦੀ, ਤਾਂ ਉਹ ਸਦਾ ਤੱਕ ਜਿਹੜੀ ਕਿ ਉਮਰਾਂ ਤੱਕ ਰਹਿੰਦੀ, ਦੁਨੀਆ ਤੱਕ ਰਹਿਣੀ ਆ। ਇਹ ਤਸਵੀਰ ਨੂੰ ਦੇਖ ਕੇ ਕੀ ਆਉਂਦਾ ਮਨ ਦੇ ਵਿੱਚ? ਇਹ ਤਸਵੀਰਾਂ ਦੇਖ ਰਹੇ ਹੋ ਪਾਸੇ ਤੇ, ਇਹਨਾਂ ਨੂੰ ਦੇਖ ਕੇ ਕੀ ਅੱਖਾਂ ਦੇ ਮੂਹਰੇ ਕੀ ਆ ਰਿਹਾਗਾ, ਦਿਲ ਦੇ ਵਿੱਚ ਕੀ ਆ ਰਿਹਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਦੁੱਖ ਹੁੰਦਾ ਜੀ ਜਿਨ੍ਹਾਂ ਦੇ ਬੱਚਿਆਂ ਦੇ ਇੰਨਾ ਕਹਿਰ ਗੁਜ਼ਰਿਆ ਜੀ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀਆਂ ਕਿ ਅੱਜ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਕਿੰਨੀ ਉਮਰ ਆ ਤੁਹਾਡੀ? ਕਿਹੜੇ ਸਕੂਲ 'ਚ ਪੜ੍ਹਦੇ ਹੋ? ਸੇਂਟ ਬ੍ਰਿੰਡਨ ਗਾਰਡਨ। ਅੱਜ ਇੱਥੇ ਖਾਲਸੇ ਦੇ ਬੋਲਬਾਲੇ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਨਗਰ ਕੀਰਤਨ ਛੋਟੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ। ਯਾਦ ਆਉਂਦੀ ਆ ਛੋਟੇ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ? ਹਾਂਜੀ। ਕੀ ਨਾਮ ਕੀ ਹੈ ਤੁਹਾਡਾ? ਗੁਰਲੀਨ ਕੌਰ। ਗੁਰਲੀਨ ਕੌਰ। ਸਾਹਿਬਜ਼ਾਦਿਆਂ ਦੇ ਨਾਮ ਚਾਰਾਂ ਦੇ ਪਤਾ ਯਾਦ ਨੇ? ਬਾਬਾ ਜਰੋਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੁਰਾਰ ਸਿੰਘ ਜੀ। ਤਾਂ ਇਹ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਇਤਿਹਾਸ ਪੜ੍ਹਾਵਾਂਗੇ ਤਾਂ ਇਹਨਾਂ ਨੇ ਵੱਡੇ ਹੋ ਕੇ ਆਪਣੇ ਗਾਹਾਂ ਪੀੜ੍ਹੀਆਂ ਨੂੰ ਇਤਿਹਾਸ ਦੱਸਣਾ। ਇਹ ਇਤਿਹਾਸ ਆ ਜਿਹੜਾ ਕਿ ਜੁਗਾਂ ਤੱਕ ਚੱਲਦਾ ਰਹਿਣਾ। ਜੁਗੋ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦਕਾ, ਜਿਹੜੀ ਕਿ ਪ੍ਰੇਰਨਾ ਸਦਕਾ ਇਹ ਇਤਿਹਾਸ ਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜਿਹੜੇ ਬੱਚੇ ਨੇ ਇੱਥੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਉਹ ਪਹੁੰਚੇ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕਿ ਵੱਡੀ ਸੰਗਤ ਦਾ ਵੱਡਾ ਇਕੱਠ ਜਿਹੜਾ ਕਿ ਠਾਠਾਂ ਮਾਰਦਾ। ਬਾਬਾ ਜੀ ਕਿਵੇਂ ਅਸੀਂ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਕ ਇੱਥੇ ਬਰਾਗ ਮਨਾਈਏ ਜਾਂ ਚੜ੍ਹਦੀ ਕਲਾ ਦੇ ਜਕਾਰੇ ਛੱਡੀਏ? ਇਹ ਦੋਨਾਂ ਵਿੱਚ ਕੁਝ ਵੀ ਕਹਿ ਸਕਦੇ ਆ ਮਹਾਰਾਜ। ਇੱਕ ਬਰਾਗ ਦੇ ਵੀ ਜਕਾਰੇ ਬੱਲੇ ਜਾ ਸਕਦੇ ਨੇ ਤੇ ਖੁਸ਼ੀ ਦੇ ਵੀ ਜਕਾਰੇ ਜੀ। ਖੁਸ਼ੀ ਦੇ ਐਂਚਨ ਜੀ ਜੋ ਸ਼ਹੀਦੀ ਛੋਟੇ ਸਾਹਿਬਜ਼ਾਦੇ ਨੇ ਪਾਈ ਹੈ ਸਾਡੇ ਲਈ, ਉਹ ਕੋਈ ਨਹੀਂ ਜ਼ਿੰਦਗੀ 'ਚ ਪਾ ਸਕਦਾ ਮਹਾਰਾਜ। ਉਹ ਬਰਾਗ ਹਾਂਜੀ, ਖੁਸ਼ੀ ਦੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਹਮੇਸ਼ਾ ਹੀ ਰਹੂਗੀ ਜੀ। ਮੰਤਮੀ ਬਿਗਲ ਵਜਾਉਣ ਦੀਆਂ ਗੱਲਾਂ ਹੋਈਆਂ, ਮੁੱਖ ਮੰਤਰੀ ਕਹਿੰਦੇ ਮੰਤਮੀ ਬਿਗਲ ਵਜਾਇਆ ਜਾਊਗਾ। ਮੰਤਮ ਤਾਂ ਨਹੀਂ ਮਨਾਇਆ ਕਦੇ? ਨਹੀਂ ਜੀ, ਨਹੀਂ ਖਾਲਸੇ ਨੇ ਕਦੇ ਨਹੀਂ ਮਨਾਇਆ ਜੀ।
ਚੜ੍ਹਦੀ ਕਲਾ 'ਚ ਰਿਹਾ ਤਾਂ ਚੜ੍ਹਦੀ ਕਲਾ 'ਚ ਹੀ ਰਹੇਗਾ ਜੀ। ਬਿਲਕੁਲ ਹਾਂਜੀ। ਤਾਂ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਜੋ ਇੱਥੇ ਸੰਗਤ ਅੱਜ ਪਹੁੰਚੀ ਆ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਇਸ ਧਰਤੀ ਤੇ ਲਿਆਂਦਾ ਗਿਆ, ਇਸ ਜਗ੍ਹਾ ਤੇ ਲਿਆਂਦਾ ਗਿਆ, ਤਾਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਬੜੀਆਂ ਜਿਹੜੀਆਂ ਕਿ ਕਹਾਣੀਆਂ, ਬੜਾ ਜਿਹੜਾ ਕਿ ਇਤਿਹਾਸ ਪਿਆ, ਜਿਸ ਨੂੰ ਫਰੋਲਦੇ ਆ ਤਾਂ ਬੜਾ ਕੁਝ ਜਿਹੜਾ ਕਿ ਨਿਕਲਦਾ ਵਾ। ਇਤਿਹਾਸ ਦੇ ਵਿੱਚੋਂ ਬਹੁਤ ਕੁਝ ਆ ਜਿਹੜਾ ਕਿ ਸਿੱਖਣਾ ਬਾਕੀ ਆ। ਜਦੋਂ ਇਤਿਹਾਸ ਨੂੰ ਅਸੀਂ ਫਰੋਲਦੇ ਆ ਤਾਂ ਇਤਿਹਾਸ ਦੇ ਵਿੱਚੋਂ ਬਹੁਤ ਕੁਝ ਅਜਿਹੇ ਤੱਥ ਸਾਹਮਣੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਜਾਂ ਜਿਨ੍ਹਾਂ ਨੂੰ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੜ੍ਹ ਕੇ ਇਹ ਲੱਗਦਾ ਕਿ ਇਸ ਕੌਮ ਦੇ ਸਿਰ ਸ਼ਾਇਦ ਇਹੀ ਕੁਝ ਲਿਖਿਆ। ਇਸ ਕੌਮ ਨੇ ਰਾਜ ਵੀ ਕੀਤਾ ਤੇ ਇਸ ਕੌਮ, ਤੁਸੀਂ ਦੇਖੋ ਕਿ ਜਵਾਨ ਨੇ ਬਈ ਇੱਥੇ ਸਵਾਗਤ ਦੇ ਲਈ ਖੜੇ ਹੋ। ਯਾਦ ਦੇ ਵਿੱਚ ਇੱਕ ਨਗਰ ਕੀਰਤਨ ਆ ਜਿਹੜਾ ਕਿ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਬਰਨਾਲਾ ਸਾਈਡ ਤੋਂ। ਬਰਨਾਲੇ ਤੋਂ? ਹਾਂ ਜੀ। ਮੇਰੇ ਵਾਲੀ ਸਾਈਡ ਤੋਂ ਆਏ ਹੋ। ਕਿਹੜਾ ਪਿੰਡ ਆ? ਧਨੌਲਾ। ਇਹ ਮੇਰੇ ਪਿੰਡਾਂ ਵੱਲ ਦੇ ਨੇ ਨੌਜਵਾਨ। ਮੇਰੇ ਪਿੰਡਾਂ ਵੱਲੋਂ ਬੜੀ ਸੰਗਤ ਆਉਂਦੀ ਆ, ਤੁਹਾਨੂੰ ਦੱਸ ਦਈਏ ਕਿ ਉਧਰਲੀ ਸਾਈਡ ਤੋਂ ਬੜੀ ਸੰਗਤ ਆਉਂਦੀ ਆ। ਟਰੈਕਟਰਾਂ ਤੇ ਆਏ ਹੋ? ਹਾਂਜੀ, ਟਰੈਕਟਰਾਂ ਤੇ। ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ? ਸਾਨੂੰ ਅਸੀਂ 24 ਤਰੀਕ ਦੇ ਆਏ ਹਾਂ। 24 ਤਰੀਕ ਦੇ। ਅੱਜ ਇੱਥੇ ਕੀ ਭਰਨ ਕਰਕੇ ਜਾਓਗੇ? ਜਿਵੇਂ ਨਾਈ ਦੀ ਦੁਕਾਨ ਤੇ ਜਾਂਦੇ ਹੋ, ਕੇਸ ਦਾੜੀ ਕਤਲ ਕਰਵਾਉਣੇ ਨਹੀਂ ਕਰਵਾਉਂਦੇ? ਕੋਈ ਹੈ ਦਿਲ ਦੇ ਵਿੱਚ? ਨਹੀਂ ਨਹੀਂ, ਹਲੇ ਕੋਈ ਮਨ ਨਹੀਂ ਬਣਿਆ ਨਾ। ਜਦੋਂ ਬਾਬੇ ਨੇ ਚਾਹਿਆ ਕੋਈ ਨਹੀਂ, ਅੰਮ੍ਰਿਤ ਛਕ ਲਾਂਗੇ। ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਮਿਹਰ ਹੋਵੇ, ਵਾਹਿਗੁਰੂ ਇਹਨਾਂ ਤੇ ਮਿਹਰ ਕਰੇ। ਕਿ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਨਗਰ ਕੀਰਤਨ ਗੁਜ਼ਰ ਰਿਹਾ, ਇਹ ਤੁਹਾਡੇ ਨਾਲ ਨੇ ਨੌਜਵਾਨ। ਤੇ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ? ਹੋ ਗਏ 2 ਦਿਨ ਹੋ ਗਏ ਜੀ। 2 ਦਿਨ ਹੋ ਗਏ। ਇੱਥੇ ਸੇਵਾ ਕਰਨ ਆਉਣੇ ਹੋ? ਹਾਂ, ਸੇਵਾ ਕਰਨੀ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰਦੇ ਆ। ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਹੜੀ ਕਿ ਸੰਗਤ ਆ ਇਸ ਜਗ੍ਹਾ ਤੇ ਪਹੁੰਚੀ ਆ। ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰੀਏ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਹ ਪੰਜ ਪਿਆਰਿਆਂ ਦੀ ਯਾਦ ਦਿਵਾ ਰਹੀਆਂ ਤਸਵੀਰਾਂ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਅੱਗੇ ਆਉਂਦਾ। ਤਾਂ ਅੱਜ ਕੋਸ਼ਿਸ਼ ਕਰਾਂਗੇ ਕਿ ਪੂਰੀ ਦੀ ਪੂਰੀ ਜਿਹੜੀ ਕਿ ਤਸਵੀਰ ਆ ਤੁਹਾਡੇ ਸਨਮੁਖ ਕਰੀ ਜਾਵੇ, ਤੁਹਾਡੇ ਰੂਬਰੂ ਕਰੀ ਜਾਵੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਜਿਹੜਾ ਕਿ ਸਾਹਮਣੇ ਆਵੇਗਾ, ਜਿਹੜਾ ਕਿ ਇਹ ਦੱਸੇਗਾ ਕਿ ਉਸ ਵਕਤ ਚੜ੍ਹਦੀ ਕਲਾ ਦੇ ਜਕਾਰੇ ਗੂੰਜੇ ਤੇ ਅੱਜ ਵੀ ਉਹ ਜਕਾਰੇ ਜਿਉਂ ਦੀ ਤਿਉਂ ਗੂੰਜ ਰਹੇ ਨੇ। ਕਿਹੜੇ ਥਾਂ ਤੋਂ ਆਏ ਹੋ ਤੁਸੀਂ? ਕਿਹੜੇ ਥਾਂ ਤੋਂ ਆਏ ਹੋ? ਅਸੀਂ ਬਸੀ ਪਠਾਣਾ ਤੋਂ ਜੀ। ਇਹ ਇੱਥੇ ਪਹੁੰਚੇ ਹੋ, ਕਿੱਦਾਂ ਦਾ ਮਹਿਸੂਸ ਕੀ ਹੋ ਰਿਹਾ ਇਸ ਜਗ੍ਹਾ ਨੂੰ ਦੇਖ ਕੇ? ਕੀ ਮਹਿਸੂਸ ਕੀ ਕਰਦੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਿੰਨੇ ਉਹ ਕੁਰਬਾਨੀ ਕੀਤੀ ਹੈ ਜਿਨ੍ਹਾਂ ਨੇ, ਵੀ ਉਹ ਕਿੰਨੇ ਮਹਾਨ ਸ਼ਖਸੀਅਤਾਂ ਨੇ। ਅੱਜ ਕਿੰਨੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣੇ ਆ ਉਹ ਦਿਨ। ਤਾਂ ਇਹ ਠੀਕ ਹੋ? ਇਹ ਠੀਕ ਹੋ? ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਇੱਥੋਂ ਜਿਹੜਾ ਕਿ ਪਿੱਛੇ ਚੱਲਦੇ ਹਾਂ। ਤਾਂ ਜਦੋਂ ਤਸਵੀਰ ਤੁਹਾਨੂੰ ਦਿਖਾਉਣੀ ਆ ਪਿਛਲੀ, ਤਾਂ ਬਹੁਤ ਕੁਝ ਜਿਹੜਾ ਕਿ ਸਾਹਮਣੇ ਆ ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਟੱਲ ਨੇ ਤੇ ਟੱਲ ਰਹਿਣੇ ਆ।
ਇਹਨਾਂ ਝੰਡਿਆਂ ਦੇ ਨਾਲ ਪ੍ਰਤੀਕ ਹੁੰਦਾ ਕਿ ਚੜ੍ਹਦੀ ਕਲਾ ਵਾਲਾ ਦਿਨ ਹੈ। ਅਸੀਂ ਤੁਹਾਨੂੰ ਇਹ ਤਸਵੀਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਤੇ ਜੁਗਾਂ ਜੁਗਾਂ ਤੱਕ ਇਹ ਸਾਕੇ ਜਿਉਂਦੇ ਰਹਿਣੇ ਆ। ਜਦੋਂ ਵੀ ਇਹ ਦਿਨ ਆਵੇਗਾ ਤਾਂ ਉਦੋਂ ਹੀ ਖਾਲਸਾ ਪੰਥ ਇੱਥੇ ਇਕੱਠਾ ਹੋਵੇਗਾ ਤੇ ਝੰਡੇ ਬੁੰਗੇ ਜੁਗੋ ਜੁਗ ਅਟੱਲ ਦਾ ਜਿਹੜਾ ਕਿ ਪ੍ਰਤੀਕ ਆ ਉਹ ਸਾਂਝਾ ਕਰਦਾ ਰਹੇਗਾ। ਤਾਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਸਿੰਘ ਸਾਹਿਬ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਨੂੰ ਇਹ ਦੇਖੋ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਸਾਡਾ ਉਹ ਸ਼ੁਭ ਦਿਹਾੜਾ ਹੈ ਜਿਸ ਤੋਂ ਸਾਨੂੰ ਸਿੱਖੀ ਦੀ ਪ੍ਰੇਰਨਾ ਮਿਲਦੀ ਹੈ, ਜਿੱਥੇ ਸਾਡੇ ਸਿੱਖੀ ਦੇ ਬੂਟੇ ਨੂੰ ਖੂਨ ਨਾਲ ਸਿੰਚਿਆ ਗਿਆ ਹੈ। ਅੱਜ ਜੋ ਸਿੰਚੇ ਬੂਟੇ ਦੀ ਅੱਜ ਤੁਸੀਂ ਸ਼ਾਨ ਮਾਣ ਦੇਖ ਰਹੇ ਹੋ। ਸੰਗਤ ਇਸ ਨੂੰ ਅਫਸੋਸ ਨਾਲ ਬਣਾਉਂਦੀ, ਅਫਸੋਸ ਨਹੀਂ, ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅੱਜ ਜਿੰਨੀ ਵੀ ਸੰਗਤ ਸਾਡੇ ਨਾਲ ਆਈ ਹੈ, ਇਹ ਖਾਲਸਾ ਪ੍ਰਚਾਰ ਜਥਾ ਪਟਿਆਲਾ ਤੋਂ ਔਰ ਪਾਣੀਪਤ ਤੋਂ ਆਈ ਹੈ, ਜਿਹੜੀ ਕਿ ਇਸ ਨਗਰ ਕੀਰਤਨ 'ਚ ਦੀ ਸ਼ੋਭਾ ਵਧਾਉਣ ਵਾਸਤੇ ਆਈ ਹੈ। ਇਹ ਸਥਾਨ ਸਭ ਤੋਂ ਪਵਿੱਤਰ ਸਥਾਨ ਹੈ, ਜਿੱਥੇ ਸਾਡੇ ਦੋ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਬਲੀਦਾਨ ਦੇ ਕੇ ਇਸ ਧਰਤੀ ਨੂੰ ਸਿੰਚਿਆ ਹੈ, ਜਿਸ ਨਾਲ ਅੱਜ ਖਾਲਸਾ ਪ੍ਰਫੁੱਲਤ ਹੋ ਰਿਹਾ ਹੈ ਤੇ ਅੱਗੋਂ ਹੋਰ ਵੀ ਹੋਏਗਾ। ਸੋ ਮੈਂ ਖਾਲਸਾ ਜੀ ਨੂੰ ਬੇਨਤੀ ਕਰਦਾ ਹਾਂ, ਇੱਕ 35 ਅੱਖਰੀ ਬਣਾਈ ਹੈ ਕਾਰਡ ਤੇ, ਜਿਸ ਨਾਲ ਊੜਾ ਐੜਾ ਈੜੀ ਸੱਸਾ ਸਾਰਾ ਦਿੱਤਾ ਗਿਆ ਹੈ ਤੇ ਉਹ ਸੰਗਤਾਂ ਨੂੰ ਇਸ ਦੇ ਮੁਤਾਬਕ ਚੱਲਣਾ ਚਾਹੀਦਾ ਤਾਂ ਕਿ ਸਾਨੂੰ ਪੰਜਾਬੀ ਵੀ ਆਵੇ ਤੇ ਸਾਨੂੰ ਇਹਦੇ ਹਰ ਇੱਕ ਲਫ਼ਜ਼ ਦੇ ਨਾਲ ਸਿੱਖੀ ਦਾ ਮਾਰਗ ਵੀ ਅਪਣਾਈਏ। ਇਹਨਾਂ ਕਹਿ ਕੇ ਮੈਂ ਆਪ ਨੂੰ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹਨਾਂ ਨੇ 35 ਲਿਖੀ ਆ, ਇਹ ਨਾਨਕਸ਼ਾਹੀ ਕੈਲੰਡਰ ਆ। ਇਸ ਦੇ ਵਿੱਚ ਜੋ ਅੱਜ ਕੱਲ੍ਹ ਦੇ ਕੈਲੰਡਰ ਨੇ ਉਹ ਕੈਲੰਡਰ ਕੁਝ ਹੋਰ ਨੇ, ਉਹ ਅੰਗਰੇਜ਼ਾਂ ਦੇ ਦਿੱਤੇ ਹੋਏ ਕੈਲੰਡਰ ਨੇ, ਪਰ ਸਿੱਖ ਕੌਮ ਦਾ, ਸਿੱਖ ਪੰਥ ਦਾ ਇਹੋ ਹੀ ਕੈਲੰਡਰ ਆ। ਇਸ ਦੇ ਵਿੱਚ ਦੇਸੀ ਮਹੀਨੇ ਨੇ, ਇਸ ਦੇ ਵਿੱਚ ਪੋਹ, ਮਾਘ, ਜੇਠ, ਹਾੜ, ਸੌਣ, ਭਾਦੋਂ ਅਜਿਹਾ ਕੁਛ ਆ। ਤੇ ਗੁਰਮੁਖੀ ਦੇ ਵਿੱਚ ਜਿਹੜੇ ਕਿ ਇਹਦੇ ਦਿਨ ਲਿਖੇ ਹੋਏ ਨੇ ਤੇ ਗੁਰਮੁਖੀ ਦੇ ਵਿੱਚ ਹੀ ਜਿਹੜੀ ਕਿ ਅੱਖਰ ਲਿਖੇ ਹੋਏ ਨੇ। ਤਾਂ ਜਿਹੜੀ 35 ਦੀ ਗੱਲ ਕਰ ਰਹੇ ਸੀ ਬਜ਼ੁਰਗ, ਉਹ 35 ਉਹ ਸਾਨੂੰ ਗੁਰੂਆਂ ਨੇ ਦਿੱਤੀ ਆ, ਉਹ ਸਾਡੇ ਗੁਰੂਆਂ ਦੀ ਆ, ਉਹ ਵੀ ਇਸ ਦੇ ਵਿੱਚ ਲਿਖੀ ਹੋਈ ਆ। ਊੜੇ ਤੋਂ ਲੈ ਕੇ ਡਾੜੇ ਤੱਕ ਜੋ ਉਸ ਦੇ ਮਤਲਬ ਨਿਕਲਦੇ ਨੇ ਸਿੱਖ ਪੰਥ ਦੇ ਵਿੱਚ, ਉਹ ਇਸ ਦੇ ਵਿੱਚ ਮੌਜੂਦ ਨੇ। ਤਾਂ ਅਸੀਂ ਰੱਖ ਸਕਦੇ ਹਾਂ। ਤਾਂ ਅਸੀਂ ਮੰਗ ਕੇ ਲੈਤੀ ਆ, ਇੱਕ ਕੈਲੰਡਰ ਲੈਤਾ ਇਹਨਾਂ ਤੋਂ। ਇਹ ਤਸਵੀਰਾਂ, ਇਹ ਕਿੰਨੀ ਉਮਰ ਦੇ ਆ? ਇਹ 1 ਸਾਲ ਦੇ ਜੀ। 1 ਸਾਲ ਦੇ ਆ। ਕਿੰਨਾ ਕੁ ਚਾਅ ਹੁੰਦਾ, ਕਿੰਨਾ ਕੁ ਖੁਸ਼ ਹੁੰਦੇ ਨੇ ਜਦੋਂ ਇਹਨਾਂ ਦੇ ਸਿਰ ਤੇ ਦਸਤਾਰ ਸਜਾਉਣੇ? ਬਹੁਤ ਖੁਸ਼ ਹੁੰਦੇ, ਬਹੁਤ ਖੁਸ਼ ਹੁੰਦੇ ਆ। ਦੇਖੋ ਠੀਕ ਹੋ? ਬੋਲਦੇ ਨੇ ਇਹ? ਨਹੀਂ, ਹਾਲੇ ਤਾਂ ਨਹੀਂ ਬੋਲਦੇ। ਹਾਲੇ ਬੋਲਣ ਨਹੀਂ ਲੱਗੇ। ਤਾਂ ਇਹ ਦੇਖ ਸਕਦੇ ਹੋ, ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਨੂੰ ਚੱਲ ਕੇ ਹੋਰ ਵੀ ਸਾਂਝੀਆਂ ਕਰਾਂਗੇ, ਕਿਉਂਕਿ ਇਹ ਸਿੰਘ ਸਜੇ ਹੋਏ ਨੇ। ਇਹ ਖਾਲਸਾ ਪੰਥ ਦੀ ਤਸਵੀਰ ਆ, ਇੱਕ ਜਿਹੜੀ ਕਿ ਕੌਮ ਦੀ ਤਸਵੀਰ ਆ, ਇੱਕ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਅਟੱਲ ਸੀ ਤੇ ਅਟੱਲ ਰਹਿਣੇ ਆ। ਇਹਨਾਂ ਦੇ ਉੱਪਰ ਬੜੇ ਸਵਾਲ ਖੜੇ ਹੁੰਦੇ ਨੇ, ਝੰਡੇ ਬੁੰਗਿਆਂ ਦੇ ਉੱਪਰ ਬੜਾ ਕੁਝ ਬੋਲਦੇ ਨੇ ਵਿਰੋਧੀ ਧਿਰਾਂ। ਕਿਵੇਂ ਦਾ ਲੱਗਦਾ ਸਿੰਘ ਸਾਹਿਬ ਅੱਜ ਦਾ ਜੋ ਦਿਨ, ਅੱਜ ਦਾ ਜੋ ਦਿਹਾੜਾ ਗਾ? ਚੜ੍ਹਦੀ ਕਲਾ ਰਹੇਗੀ ਸਦਾ ਹੀ, ਸਦਾ ਹੀ ਚੜ੍ਹਦੀ ਕਲਾ ਆ। ਉਹਨਾਂ ਦੀ ਖੇਡ ਹੈ ਸਾਰੀ। ਆ ਜੋ ਹੋ ਰਿਹਾ ਉਹਨਾਂ ਦੀ ਬਦੌਲਤ ਹੋ ਰਿਹਾ, ਹੋਰ ਨਹੀਂ। ਪਰ ਰਹੇਗੀ ਵੀ ਇਸ ਤਰ੍ਹਾਂ ਹੀ, ਇੱਦਾਂ ਹੀ ਰਹਿੰਦੀ ਦੁਨੀਆ ਤੱਕ ਰਹੇਗੀ। ਜਦੋਂ ਧਰਤੀ ਸਮਾਨ ਰਹੇਗਾ ਉਹਨਾਂ 'ਚ ਰਹੇਗੀ। ਤਾਂ ਇਹ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੇ ਸਾਕੇ ਹੋਏ ਨੇ ਇੱਥੇ। ਦੇਖ ਸਕਦੇ ਹੋ, ਇਹ ਤਸਵੀਰ ਦਿਖਾ। ਇਹ ਜਿਹੜੇ ਕਹਿੰਦੇ ਨੇ ਕਿ ਸ਼ਾਸਤਰਾਂ ਨਾਲ ਕਿਉਂ ਪਿਆਰ ਕਰਦੇ ਆ, ਇਹ ਪੰਜਾਬ ਦੇ ਖੂਨ ਦੇ ਵਿੱਚ ਆ, ਪੰਜਾਬ ਦੇ ਜਹਨ ਦੇ ਵਿੱਚ ਆ। ਇਹ ਤਸਵੀਰ ਹੀ ਅਜਿਹੀ ਆ ਕਿ ਜਿਹੜੀ ਸ਼ਾਸਤਰਾਂ ਦੇ ਵਿੱਚੋਂ ਜੰਮੀ ਆ ਤੇ ਸ਼ਾਸਤਰਾਂ ਦੇ ਵਿੱਚ ਹੀ ਅਲੋਪ ਹੋ ਜਾਣਾ ਇਸ ਤਸਵੀਰ ਨੇ। ਅਸੀਂ ਤੁਹਾਡੇ ਨਾਲ ਇਸੇ ਕਰਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਥੋੜਾ ਸਾਨੂੰ ਦਿਖਾ ਦਿਓਗੇ, ਅਸੀਂ ਕਵਰ ਕਰ ਲਈਏ।
ਥੋੜਾ ਜਿਹਾ ਅਸੀਂ ਕਰ ਲਈਏ ਕਵਰ ਬਾਬਾ, ਪਿੱਛੇ ਨੂੰ ਹੀ ਮਾੜਾ ਜਿਹਾ। ਇਹ ਆ ਜੌਰ ਗੱਤਕੇ ਦੇ। ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿ ਇੱਥੇ ਗੱਤਕੇ ਵਾਲੇ ਪਹੁੰਚੇ ਹੋਏ ਨੇ। ਇਹ ਸਿੰਘ ਸਾਹਿਬ ਨੇ, ਇਹ ਢੋਲ ਦੇ ਡਗੇ ਦੇ ਉੱਤੇ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ, ਤੁਸੀਂ ਦੇਖ ਸਕਦੇ ਹੋ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲੀ ਜਿਹੜੀ ਕਿ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਪਹੁੰਚਦੀ ਕੀਤੀ ਜਾਵੇ ਤੁਹਾਡੇ ਤੱਕ। ਪਿੱਛੇ ਵਾਲਿਆਂ ਦਾ ਦਿਖਾ ਦੇ ਸ਼ਾਟ। ਅਸੀਂ ਅੱਜ ਸਾਰਾ ਕਵਰ ਕਰਕੇ ਹੁੰਦਾ ਉਹ ਹੱਥ ਵਿੱਚ ਉਹਦੇ ਹਥਿਆਰ ਹੁੰਦਾ, ਉਹ ਰੋਡੇ ਪੋਡੇ ਦਿਖਦੇ ਨਾ, ਹਰ ਮੋੜ ਘੜੀ ਖੜਾ ਸਰਦਾਰ ਹੁੰਦਾ। ਉਹ ਕਿਹੜਾ ਲਾਉਂਦਾ ਸਾਡੇ ਸਤਿਗੁਰੂ ਬਾਬਾ ਕਲਗੀ, ਉਹਦੀ ਹਿੱਕ ਦੇ ਸਿੰਘਾਂ ਦਾ ਵਾਰ ਹੁੰਦਾ। ਬੋਲੇ ਸੋਨਿਆ ਖੁਸ਼ੀਆਂ ਜਗਾਰੇ ਬੁਲਾਵੇ, ਧੰਨ ਧੰਨ ਬਾਬਾ ਜੋਰਾਵਰ, ਧੰਨ ਧੰਨ ਬਾਬਾ ਫਤਿਹ ਸਿੰਘ, ਮਾਤਾ ਗੁਜਰ ਜੋ ਕੌਰ ਦੇ ਮਨ ਨੂੰ ਭਾਵੇ ਖੁਸ਼ੀਆਂ ਜਾਏ। ਸਤਿ ਸ੍ਰੀ ਅਕਾਲ। ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ, ਕੇਸਾਂ ਦੀ ਬੇਅਦਬੀ ਕਰਨ ਵਾਲਾ ਸਿਰਗੁੰਮ ਕਿਹਾ ਜਾਂਦਾ ਹੈ। ਇਹ ਜਿਹੜੇ ਸਲੋਗਨ ਨੇ, ਇੱਕ ਵਾਰ ਇਹ ਸਾਰੇ ਇਕੱਲਾ ਸਲੋਗਨ ਸੰਗਤ ਦੇ ਤੱਕ ਪਹੁੰਚਣਾ ਚਾਹੀਦਾ। ਤੁਸੀਂ ਭਾਈ ਸਾਹਿਬ ਗਾਂ ਨੂੰ ਆ ਜਾਓ, ਥੋੜਾ ਜਿਹਾ ਅੱਗੇ ਨੂੰ ਆ ਜਾਓ। ਇਹਦੇ ਤੇ ਵੀ ਇਹ ਦੇਖੋ, ਇਹ ਸਲੋਗਨਾਂ ਦੇ ਉੱਪਰ ਬਹੁਤ ਕੁਝ ਲਿਖਿਆ ਹੋਇਆ। ਇਹ ਸਾਡੀ ਗੁਰਬਾਣੀ ਵੀ ਕਹਿੰਦੀ ਆ, ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮੋ ਕੁਸ਼ਤੀ ਹੋ ਮਰੇ। ਤਾਂ ਇਹ ਤਸਵੀਰਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆਈ ਵਾਰ ਤੁਸੀਂ ਲੈ ਕੇ ਚੱਲਦੇ ਹੁੰਦੇ ਹੋ, ਆਈ ਵਾਰ ਸੰਗਤ ਨੂੰ ਜਾਗਰੂਕ ਕਰਦੇ ਹੋ। ਦੇਖਦੇ ਆ, ਇੱਥੇ ਪੜ੍ਹਦੇ ਰਹੇ ਆ ਮਾਤਾ ਗੁਜਰੀ ਕਾਲਜ ਦੇ ਵਿੱਚ, ਇੱਥੇ ਦਰਸ਼ਨ ਦਿਦਾਰੇ ਵੀ ਹੁੰਦੇ ਰਹੇ ਨੇ। ਇਹ ਕਿੰਨੇ ਕੁ ਜਿਹੜਾ ਕਿ ਫਰਕ ਪੈ ਜਾਂਦਾ ਗਾ ਲੋਕਾਂ ਦੇ ਉੱਪਰ ਜਾਂ ਸੰਗਤ ਦੇ ਉੱਪਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆਏ ਵਾਰੀ ਸਾਡੇ ਨਾਲ ਜਿੰਨੇ ਸਿੰਘ ਆਉਂਦੇ ਆ ਜੀ, ਉਹਦੇ ਵਿੱਚ ਘੱਟੋ ਘੱਟ 8 ਤੋਂ 10 ਸਿੰਘ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਅਸੀਂ ਹਰ ਵਾਰੀ ਕੇਸਾਧਾਰੀ ਕਰਕੇ ਸੈਂਟਰ ਦੇ ਉੱਤੇ ਦਸਤਾਰ ਸਜਾ ਕੇ ਉਹਨਾਂ ਨਾਲ ਪ੍ਰਣ ਕੀਤਾ ਜਾਂਦਾ ਵੀ ਕੇਸਾਧਾਰੀ ਹੋਣਗੇ, ਦਸਤਾਰ ਵੀ ਦਿੱਤੀ ਜਾਂਦੀ, ਉਹਨਾਂ ਨੂੰ ਉਸ ਮਾਹੌਲ ਦੇ ਵਿੱਚ ਗੁਰਬਾਣੀ ਨਾਲ ਜੋੜਿਆ ਜਾਂਦਾ ਜੀ। ਤੇ ਆਏ ਵਾਰੀ ਸਾਡੇ ਨਾਲ 8-10 ਤੋਂ ਸਿੰਘ, ਮਤਲਬ ਕਿ ਜਿਹੜੇ ਨਵੇਂ ਸਿੰਘ ਸਜੇ ਹੁੰਦੇ ਆਉਂਦੇ ਆ, ਸਾਡੇ ਲਈ ਪੂਰਾ ਪ੍ਰਭਾਵ ਹੈ ਜੀ। ਇੱਥੇ ਸੰਗਤ ਦੇ ਨਾਲ ਜਿੱਦਾਂ ਵਿੱਚ ਵਿਚਰਦੇ ਆ, ਉਹਨਾਂ ਤੋਂ ਪਤਾ ਲੱਗਦਾ, ਵਿੱਚ ਰਿਸਪੌਂਸ ਮਿਲਦਾ ਵੀ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜੀ। ਸਾਡੇ ਆਪ ਦੇ ਸ਼ਹਿਰ ਦੇ ਵਿੱਚ ਜਿੱਥੇ ਸਾਡੀ ਫੈਡਰੇਸ਼ਨ ਮਤਲਬ ਕੰਮ ਕਰਦੀ, ਇਹ ਉੱਥੋਂ ਸਾਡੇ ਕੋਲੇ ਸਿੰਘ ਦਸਤਾਰ ਸੈਂਟਰ ਤੇ ਨਵੇਂ ਤੋਂ ਨਵੇਂ ਆਉਂਦੇ ਦਸਤਾਰਧਾਰੀ ਹੁੰਦੇ ਆ। ਤੇ ਮਹਾਰਾਜ ਦੀ ਬੜੀ ਕਿਰਪਾ ਵੀ ਸਾਡੀ ਜਿਹੜੀ ਇਹ ਸਫਲ ਹੁੰਦੀ ਹੈ ਕਿਰਤ ਕੀਤੀ ਜੀ। ਹਾਂਜੀ, ਇੱਥੇ ਹੋਰ ਕੀ ਦੇਖਣ ਨੂੰ ਮਿਲਦਾ ਜਦੋਂ ਆਉਣੇ ਹੋ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਿ ਸਿਰ ਫਿਰੇ ਵੀ ਮਿਲ ਜਾਂਦੇ ਨੇ ਕਈ ਵਾਰ। ਉਹਨਾਂ ਤੇ ਬਾਬਾ ਜੀ ਇੱਕ ਗੱਲ ਦੀ ਬੜੀ ਖੁਸ਼ੀ ਆ, ਮਹਾਰਾਜ ਦੀ ਕਿਰਪਾ। ਦੇਖੋ ਅਨੰਦਪੁਰ ਸਾਹਿਬ ਜੋ ਭਾਣਾ ਸਿੰਘ ਨਾਲ ਵਾਪਰਿਆ ਹੈ ਨਾ ਜੀ, ਉਹਨਾਂ ਨੇ ਸ਼ਹੀਦੀ ਹੋ ਗਈ, ਇਸੇ ਗੱਲ ਨੂੰ ਰੋਕਣ, ਹੱਲੇ ਗੁੱਲੇ ਨੂੰ ਰੋਕਣ ਦੇ ਲਈ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਸੀਗਾ। ਤੇ ਉਹਨਾਂ ਨੂੰ ਆਪਦੀ ਚਲੋ ਜਵਾਨ ਗਵਾਉਣੀ ਪਈ ਉਹ ਕੌਮ ਦੇ ਲਈ, ਪਰ ਬੜਾ ਕੰਮ ਹੀ ਇੱਥੇ ਐਤਕੀ ਇਹ ਗੱਲ ਵੇਖੀ, ਐਤਕੀ ਜਿਹੜੀ ਇਹ ਰੋਕ ਟੋਕ ਹੈ, ਸ਼ੋਰ ਸ਼ਰਾਬੇ ਦਾ ਬੜਾ ਫਰਕ ਹੈ ਜੀ। ਇਹ ਚੀਜ਼ ਹੋਣੀ ਨਹੀਂ ਚਾਹੀਦੀ। ਦੇਖੋ ਕਿਤੇ ਕੋਈ ਪ੍ਰਚਾਰ ਵੀ ਚੱਲ ਰਿਹਾ ਹੁੰਦਾ ਹੈ, ਕਿਤੇ ਕੋਈ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਜਾਂ ਕੋਈ ਆਪਦੇ ਹੈ ਨਾ ਇਤਿਹਾਸ ਦੱਸ ਰਿਹਾ, ਇੰਨੇ ਸ਼ੋਰ ਸ਼ਰਾਬੇ, ਟਰੈਕਟਰਾਂ ਦੀਆਂ ਬੇਸਾਂ ਰੇਸਾਂ, ਇਹ ਸਾਰਾ ਚੀਜ਼ਾਂ ਬਈ ਇੱਥੋਂ ਦਾ ਮਾਹੌਲ ਖਰਾਬ ਕਰ ਦਿੰਦੀਆਂ ਜੀ। ਤੇ ਇਹ ਚੀਜ਼ ਚਾਹੀਦੀਆਂ, ਸਿੰਘਾਂ ਨੂੰ ਕਹਿੰਦਾ ਵੀ ਇਹ ਧੱਕਾ ਕਰਦੇ, ਸਾਡੇ ਨਾਲ ਕੁੱਟਮਾਰ ਕਰਦੇ ਜਾਂ ਕੁਛ ਕਰਦੇ, ਇਹ ਚੀਜ਼ ਨਹੀਂ, ਕਿਸੇ ਦਾ ਮਨ ਨਹੀਂ ਕਰਦਾ। ਇੱਥੋਂ ਦਾ ਜੇ ਮਾਹੌਲ ਹੀ ਇੱਦਾਂ ਦਾ ਬਣਿਆ ਹੋਵੇ, ਸਾਰਿਆਂ ਦੇ ਮਨ ਦੇ ਅੰਦਰੋਂ ਉਹ ਗੱਲ ਜਾਗਦੀ ਹੋਵੇ, ਸਾਹਿਬਜ਼ਾਦਿਆਂ ਨਾਲ ਪ੍ਰੇਮ ਹੋਵੇ ਨਾ, ਲੱਗੀ ਹੋਵੇ ਗੱਲ ਨੂੰ, ਤੇ ਸਾਨੂੰ ਨਹੀਂ ਲੋੜ ਮੈਨੂੰ ਲੱਗਦਾ ਵੀ ਕਿਸੇ ਨੂੰ ਰੋਕਣ ਟੋਕਣ ਦੀ। ਸਾਰੇ ਇਹ ਮਨ ਦੇ ਵਿੱਚ ਮਨਚਾ ਲੈ ਕੇ ਆਉਂਦੇ ਲੋਕੀ। ਇਹ ਅੱਧੇ ਤਾਂ ਇਹੀ ਆਉਂਦੇ, ਉਹਨਾਂ ਨੂੰ ਕਹਿਣਗੇ ਅਸੀਂ ਮੇਲੇ ਤੇ ਚੱਲੇ, ਮੇਲਾ ਨਹੀਂ ਗਏ, ਸਭਾ ਹੈ ਜੀ ਇਹ ਜੋੜ ਮੇਲਾ। ਉਹਨਾਂ ਦੀ ਯਾਦ ਵਿੱਚ ਬਹਿ ਕੇ ਜੁੜਨਾ
ਉਹਨਾਂ ਬਾਰੇ ਗੱਲਬਾਤ ਕਰਨੀ, ਉਹਨਾਂ ਦੀ ਜਿਹੜੀ ਉਹਨਾਂ ਦੇ ਚਾਨਣਾ ਪਾਉਣੀ ਉਸ ਇਤਿਹਾਸ ਨੂੰ ਸਾਡੇ ਅੰਦਰ ਤੱਕ ਹੈ ਨਾ ਜਿਹੜਾ ਪਹੁੰਚਦੀ ਆ, ਤੇ ਉਹ ਪ੍ਰਚਾਰ ਦੇ ਲਈ ਅਸੀਂ ਇੱਥੇ ਆਉਂਦੇ ਹਾਂ, ਨਾ ਕਿ ਜੋੜ ਮੇਲੇ ਤੋਂ। ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮੋਂ ਕੁਸ਼ਤੀ ਹੋਏ ਮਰੇ। ਗੁਰਬਾਣੀ ਦੀਆਂ ਤੁਕਾਂ ਕਹਿੰਦੀਆਂ ਨੇ, ਅਸੀਂ ਆਪਦੇ ਕੋਲੋਂ ਨਹੀਂ ਕਹਿ ਰਹੇ, ਪਰ ਫਿਰ ਵੀ ਉਹਨਾਂ ਤੱਕ ਇਹ ਆਵਾਜ਼ਾਂ ਜਿਹੜੀਆਂ ਗੱਲਾਂ ਪਹੁੰਚਦੀਆਂ ਨੇ, ਪਰ ਉਹ ਕਹਿੰਦੇ ਨੇ ਇਹ ਉਸ ਟੋਪੀ ਦੀ ਗੱਲ ਨਹੀਂ ਕਰੀ ਜਿਹੜੀ ਅੱਜ ਕੱਲ੍ਹ ਲਈ ਫਿਰਦੇ ਆ। ਦੇਖੋ ਜੀ, ਟੋਪੀ ਤਾਂ ਟੋਪੀ ਹੈ, ਜਿਹਨੂੰ ਨਾ ਹੀ ਟੋਪੀ ਦਿੱਤਾ ਗਿਆ ਉਹ ਤਾਂ ਭਾਵੇਂ ਤੁਸੀਂ ਹੁਣ ਵਾਲੇ ਜ਼ਮਾਨੇ ਦੀ ਲੈ ਲਓ, ਭਾਵੇਂ ਜਿਹੜੇ ਡਿਊਟੀ ਨਿਭਾ ਰਹੇ ਤੇ ਉਹ ਤੋਂ ਅਲੱਗ ਤੋਂ ਇਲਾਵਾ ਜੀ ਯੂਨੀਵਰਸਿਟੀ ਦੇ ਜਿੰਨੇ ਵੀ ਸਟੂਡੈਂਟ ਆ ਸਕੇ ਸੀ 200 ਤੋਂ 300 ਹੋਣਗੇ ਅਸੀਂ ਤਕਰੀਬਨ ਸਾਰੇ ਜੀ, ਤੇ ਗੱਤਕੇ ਦੀ ਟੀਮ ਹੈ ਵਿੱਚ ਜੀ। ਹਾਂਜੀ ਹਾਂਜੀ। ਜਦੋਂ ਸਭਾ ਦੇ ਦਿਨ ਆਉਂਦੇ ਨੇ, ਖਾਸ ਕਰਕੇ ਮੈਂ ਵੀ ਚਲੋ ਇੱਥੇ ਪੜ੍ਹਿਆ ਮਾਤਾ ਗੁਜਰੀ ਕਾਲਜ ਦੇ ਵਿੱਚ, ਜਦੋਂ ਸਭਾ ਦੇ ਦਿਨ ਆਉਂਦੇ ਨੇ ਉਦੋਂ ਸਟੂਡੈਂਟਾਂ ਨੂੰ ਇਹ ਹੋ ਜਾਂਦਾ ਵੀ ਹੁਣ ਸਭਾ ਆ ਗਈ ਆ, ਚਲੋ ਲੰਗਰ ਪਾਣੀ ਵੀ ਚੱਲਣਗੇ। ਇੱਥੇ ਹੁੱਲੜਬਾਜ਼ੀ ਵੀ ਕਈ ਕਰਦੇ ਮਿਲ ਜਾਂਦੇ ਨੇ, ਪਰ ਇਸ ਵਾਰ ਤਾਂ ਨਹੀਂ ਕੋਈ ਅਜਿਹਾ ਹੋਇਆ। ਦੇਖੋ ਜੀ, ਮੈਂ ਤਾਂ ਤਕਰੀਬਨ ਹੁਣ ਦੇਖਿਆ ਨਹੀਂ ਹੈਗਾ ਜੀ, ਕਿਉਂਕਿ ਮੈਂ ਤਾਂ ਇਸ ਹਿਸਾਬ 'ਚ ਹੈ ਨਹੀਂ ਸੀਗਾ ਜੀ, ਪਰ ਜਿਹੜੇ ਜਿਨ੍ਹਾਂ ਨੇ ਕਰਨਾ ਜੀ ਉਹ ਤੁਹਾਨੂੰ ਪਤਾ ਜੀ ਵੀ ਹਟ ਨਹੀਂ ਸਕਦੇ, ਠੀਕ ਹੈ ਨਾ। ਬਾਕੀ ਹਾਂ ਕੁਛ ਇਹ ਹੈ ਜਿਹੜੇ ਨਵੇਂ ਨੌਜਵਾਨ ਜਿਵੇਂ ਹੁਣ ਸਿਖਾਇਆ ਜਾਂਦਾ ਜੀ ਹੈ ਨਾ, ਅਤੇ ਹੁਣ ਨਵੀਂ ਪੀੜ੍ਹੀ ਨੂੰ ਤਾਂ ਇਸ ਵਾਰੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਜੀ। ਇਹ ਤੁਸੀਂ ਵੀ ਦੇਖਿਆ ਹੀ ਹੋ। ਕਿਹੜਾ ਤੁਹਾਡਾ ਏਰੀਆ? ਮੇਰਾ ਫਤਿਹਗੜ੍ਹ ਸਾਹਿਬ ਹੀ ਹੈ ਜੀ। ਫਤਿਹਗੜ੍ਹ ਸਾਹਿਬ ਜੀ। ਕੋਈ ਬਰਨਾਲੇ ਵਾਲੀ ਸਾਈਡ ਤੋਂ ਹੈਗਾ? ਮੇਰੇ ਵਾਲੇ ਏਰੀਏ ਤੋਂ ਬਈ ਜੀ ਪਿੱਛੇ ਨਗਰ ਕੀਰਤਨ ਆ ਰਿਹਾ, ਤੁਹਾਡੀ ਇਸ ਵਾਰ ਡਿਊਟੀ ਲੱਗੀ ਆ ਕਿ ਮਾਤਾ ਗੁਜਰੀ ਕਾਲਜ ਵਾਲਿਆਂ ਦੀ ਲੱਗਦੀ ਹੁੰਦੀ ਸੀ, ਹੈ ਨਾ। ਕਿਵੇਂ ਦਾ ਅੱਜ ਦਾ ਮਾਹੌਲ ਕੀ ਕਹਿੰਦਾ ਗਾ ਜੋ ਅੱਜ ਤੁਸੀਂ ਇੱਥੇ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋ, ਜਾਂ ਜਿਹੜੀ ਇਹ ਸਭਾ ਹੈਗੀ ਸ਼ਹੀਦੀ ਸਭਾ, ਇਸ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਬਦਲਾਅ ਦੇਖਣ ਨੂੰ ਮਿਲਿਆ, ਕਿੰਨਾ ਕੁ ਜਿਹੜਾ ਕਿ ਵੱਖਰਾ ਪਹਿਲਾਂ ਨੂੰ? ਬਾਈ ਜੀ ਪਹਿਲਾਂ ਨਾਲ ਤਾਂ ਬਹੁਤ ਬਦਲਾਅ ਦੇਖਿਆ, ਜਿਹੜੇ ਨੌਜਵਾਨ ਪੀੜ੍ਹੀ ਆ ਆਪਣੀ ਸਿੱਖੀ ਵੱਲ ਬਹੁਤ ਆ ਰਹੀ ਆ, ਤੇ ਆਪਣਾ ਗੁਰੂ ਸਾਹਿਬ ਦਾ ਬਹੁਤ ਹੋ ਰਿਹਾ, ਬਲਕਿ ਨੌਜਵਾਨ ਸਭਾ ਵੱਧ ਤੋਂ ਵੱਧ ਆਪਣਾ ਸਿੱਖੀ ਵੱਲ ਆਓ। ਤਾਂ ਇਹਨਾਂ ਦੀ ਅਪੀਲ ਆ, ਇਹ ਅਸੀਂ ਤਾਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਟੂਡੈਂਟ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟ ਨੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਜਿਹੜੀਆਂ ਕਿ ਤਸਵੀਰਾਂ ਉਹ ਸਾਂਝੀਆਂ ਕੀਤੀਆਂ ਹਨ। ਖਾਸ ਕਰਕੇ ਸਟੂਡੈਂਟਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਅਸੀਂ ਖੁਦ ਇਸ ਜਗ੍ਹਾ ਤੋਂ, ਇਸ ਧਰਤੀ ਤੋਂ ਪੜ੍ਹ ਕੇ ਗਏ ਹਾਂ। ਇਸ ਧਰਤੀ ਨੇ ਜੋ ਵੀ ਦਿੱਤਾ ਅੱਜ ਤੁਹਾਡੇ ਸਾਹਮਣੇ ਆ। ਇਸ ਧਰਤੀ ਤੇ ਜਿੰਨੇ ਸਟੂਡੈਂਟ ਪੜ੍ਹਦੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਹੋ ਸਕੇ। ਸਾਡੀ ਗੁਰਬਾਣੀ ਦੀਆਂ ਤੁਕਾਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤਾਂ ਹਰ ਇੱਕ ਕੰਮ ਦੇ ਵਿੱਚ, ਹਰ ਇੱਕ ਜੇਕਰ ਦੇਖਿਆ ਜਾਵੇ ਤਾਂ ਹਰ ਇੱਕ ਪਾਸੇ ਬੀਬੀਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਮਾਤਾਵਾਂ ਦਾ, ਭੈਣਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਕਿ ਜਦੋਂ ਕਿਹਾ ਜਾਂਦਾ ਕਿ ਮਾਂ ਦੀ ਹੱਲਾਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਉਸੇ ਮਾਂ ਦੀ ਹੱਲਾਸ਼ੇਰੀ ਹੀ ਪੁੱਤ ਨੂੰ ਡਰਪੋਕ ਵੀ ਬਣਾ ਦਿੰਦੀ ਆ ਜੇਕਰ ਮਾਂ ਅਜਿਹੀਆਂ ਗੱਲਾਂ ਕਰਨ ਲੱਗ ਜੇ। ਤਾਂ ਇਹ ਤਸਵੀਰਾਂ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਾਤਾ ਸਾਹਿਬ ਕੌਰ, ਮਾਈ ਭਾਗੋ ਦੀਆਂ ਜਿਹੜੀਆਂ ਕਿ ਵਾਰਸਾਂ ਨੇ, ਉਹਨਾਂ ਦੀਆਂ ਜਿਹੜੇ ਕਿ ਦਰਸ਼ਨ ਆ ਉਹ ਵੀ ਅਸੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਕਿ ਉਹ ਵੀ ਸਾਹਮਣੇ ਆਊਗਾ। ਤਾਂ ਅਸੀਂ ਗੱਲ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਇੱਥੋਂ ਦੀ ਹੋ ਤੁਸੀਂ? ਉਰੋਂ ਦੀ ਰਹਿਣ ਵਾਲੇ ਹੋ? ਤਾਂ ਤੁਸੀਂ ਇਸੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚੋਂ ਹੀ? ਹਾਂਜੀ ਸਰ। ਮੈਮ ਕਿਵੇਂ ਦਾ ਜਿਹੜਾ ਕਿ ਮਾਹੌਲ ਆ ਜੋ ਇਹ ਦਿਖਾਈ ਦੇ ਰਿਹਾ? ਇਹ ਕਿਹਾ ਜਾਂਦਾ ਕਿ ਮਾਂ ਦੀ ਹੱਲਾਸ਼ੇਰੀ ਆ ਜਿਹੜੀ ਉਹ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਮਾਂ ਹੀ ਹੁੰਦੀ ਆ ਜਿਹੜੀ ਕਿ ਇਤਿਹਾਸ ਦੱਸ ਸਕਦੀ ਹੁੰਦੀ ਹੈ ਤੇ ਇਤਿਹਾਸ ਤੋਂ ਪਾਸੇ ਕਰ ਸਕਦੀ ਹੁੰਦੀ। ਤਾਂ ਠੀਕ ਹੈ ਸਰ, ਇੱਕ ਮਾਂ ਤਾਂ ਪਹਿਲੀ ਗੁਰੂ ਹੁੰਦੀ ਹੈ ਬੱਚੇ ਦੀ, ਸੋ ਇਹ ਕਹਿਣਾ ਸੱਚ ਹੈ ਕਿ ਮਾਂ ਬੱਚੇ ਦੀ ਪਹਿਲੀ ਗੁਰੂ, ਉਹ ਹੀ ਸਭ ਕੁਝ ਸਿਖਾਉਂਦੀ ਹੈ, ਤੇ ਉਹਦੇ ਨਕਸ਼ੇ ਕਦਮ ਤੇ ਜੇ ਬੱਚਾ ਚੱਲੇ ਤਾਂ ਸਕਸੈਸ ਹੋ ਸਕਦਾ। ਠੀਕ ਹੈ ਸਰ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮੈਮ ਜਦੋਂ ਯੂਨੀਵਰਸਿਟੀ ਦੇ ਵਿੱਚ ਜਵਾਕ ਆਉਂਦੇ ਨੇ, ਸਟੂਡੈਂਟ ਆਉਂਦੇ ਨੇ, ਤਾਂ ਅਕਸਰ ਗੱਲਾਂ ਚੱਲਦੀਆਂ ਹੋਣੀਆਂ ਇਸ ਧਰਤੀ ਦੀਆਂ, ਇਸ ਜਗ੍ਹਾ ਦੀਆਂ। ਹਾਂਜੀ ਸਰ, ਸਾਨੂੰ ਲੋਕੀ ਕਹਿੰਦੇ ਤੁਸੀਂ ਬੜੇ ਬੜੇ ਭਾਗੇ ਹੋ ਜਿਹੜੇ ਇਸ ਧਰਤੀ ਤੋਂ, ਸਭ ਤੋਂ ਮਹਿੰਗੀ ਧਰਤੀ ਗਿਣੀ ਜਾਂਦੀ ਹੈ, ਇੱਥੇ ਤੁਸੀਂ ਰਹਿ ਰਹੇ ਹੋ। ਤਾਂ ਅਸੀਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਹਾਂ, ਔਰ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਦੱਸਦੇ ਹਾਂ ਕਿ ਉਹ ਜਿਹੜੇ ਗੁਰੂਆਂ ਨੇ ਸਾਡੇ ਜਿਹੜੇ ਕਦਮਾਂ 'ਤੇ ਉਹ ਚੱਲੇ ਨੇ, ਉਹਨਾਂ 'ਤੇ ਸਾਡੇ ਬੱਚੇ ਚੱਲਣ ਤਾਂ ਅੱਗੇ ਜਾ ਕੇ ਸਕਸੈਸ ਹੋਣਗੇ। ਤੇ ਇਤਿਹਾਸ ਨੂੰ ਉਹਨਾਂ ਨੂੰ ਜਾਣੂ ਕਰਨਾ ਬਹੁਤ ਜ਼ਰੂਰੀ ਹੈ। ਇਤਿਹਾਸ ਨਾਲ ਜਾਣੂ ਹੋਣਗੇ ਤਾਂ ਹੀ ਉਹਨਾਂ ਦੇ ਗੁਰੂਆਂ ਦੇ ਨਕਸ਼ੇ ਕਦਮ ਤੇ ਚੱਲ ਸਕਣਗੇ। ਅਕਸਰ ਟੀਚਰਾਂ ਦੇ ਨਾਲ ਅਸੀਂ ਵੀ ਗੱਲਾਂ ਪੈ ਜਾਂਦੇ ਸੀ ਕਿ ਉਹ ਦਿਨ ਕਿਹੋ ਜਿਹੇ ਸੀ, ਉਹ ਦਿਨ, ਉਹ ਉਹਨਾਂ ਦੇ ਜਿਹੜੀਆਂ ਕਿ ਜ਼ਰੂਰਤਾਂ ਕਿੰਨੀਆਂ ਸੀਗੀਆਂ ਉਹ ਛੋਟੇ ਸਾਹਿਬਜ਼ਾਦਿਆਂ ਦੀਆਂ। ਤਾਂ ਜਦੋਂ ਉਹ ਗੱਲਾਂ ਕਰਦੇ ਸੀ ਤਾਂ ਮਨ ਭਰ ਆਉਂਦਾ ਸੀ, ਬਰਾਗ ਦੇ ਵਿੱਚ ਅੱਖਾਂ ਵੀ
ਨਮ ਹੋ ਜਾਂਦੀਆਂ ਸੀ। ਅਜਿਹਾ ਕਦੇ ਹੋਇਆ ਤੁਹਾਡੇ ਨਾਲ, ਜਿਵੇਂ ਤੁਸੀਂ ਕਈ ਵਾਰ ਸਟੂਡੈਂਟਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਗੱਲ ਕਰਦੇ ਹੋ? ਹਾਂਜੀ ਸਰ, ਫੀਲਿੰਗਸ ਅਸੀਂ ਆਪਣੇ ਆਪ ਦੇ ਅੰਦਰ ਮਹਿਸੂਸ ਕਰਦੇ ਹਾਂ। ਅਸੀਂ ਤਾਂ ਮਤਲਬ ਕਿਨਕਾਂ ਪਰ ਵੀ ਨਹੀਂ ਆਉਂਦੇ ਅੱਗੇ, ਜਿਹੜੀ ਗੁਰਬਾਣੀਆਂ ਉਹਨਾਂ ਨੇ ਕੀਤੀਆਂ ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਪਰ ਅਸੀਂ ਬੱਚਿਆਂ ਨੂੰ ਜ਼ਰੂਰ ਸਿੱਖਿਆ ਜ਼ਰੂਰ ਦਿੰਦੇ ਹਾਂ ਕਿ ਤੁਸੀਂ ਜੇ ਆਪਾਂ ਕੋਈ ਮਾਡਲ ਰੱਖਣੇ ਆ, ਰੋਲ ਰੱਖਣਾ ਕਿ ਆਪਾਂ ਉਹਦੇ ਨਜ਼ਦੀਕ ਪਹੁੰਚਣਾ, ਜੇ ਕੋਸ਼ਿਸ਼ ਕਰਾਂਗੇ ਤਾਂ ਥੋੜ੍ਹਾ ਜਿਹਾ ਤਾਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਆਪਾਂ ਕਰ ਹੀ ਸਕਦੇ ਹਾਂ। ਤੇ ਹੋ ਵੀ ਸਕਦਾ ਹੈ ਕਿ ਆਪਾਂ ਕਰੀਬ ਪਹੁੰਚੀਏ, ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਇੱਥੋਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਪਿੱਛੇ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਟੀਮ ਆ ਗੱਤਕੇ ਦੀ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਕੌਮ ਜਿਹੜੀ ਕਿ ਸ਼ਾਸਤਰਾਂ 'ਚੋਂ ਜੰਮੀ ਆ ਅਤੇ ਸ਼ਾਸਤਰਾਂ 'ਚ ਹੀ ਇਹਨੇ ਮਰ ਮਿਟ ਜਾਣਾ। ਤਾਂ ਇਹ ਸ਼ਾਸਤਰ ਨੇ, ਕੋਸ਼ਿਸ਼ ਕਰਾਂਗੇ ਜਾਣਨ ਦੀ ਇਹਨਾਂ ਸ਼ਾਸਤਰਾਂ ਦੇ ਬਾਰੇ, ਇਹਨਾਂ ਨੂੰ ਕੀ ਕੀ ਕਿਹਾ ਜਾਂਦਾ ਹੈ ਸ਼ਾਸਤਰਾਂ ਦੀ ਜੋ ਇੱਥੇ ਹੈ। ਇਸ ਭਾਜੀ ਸ਼ਸਤਰ ਸਿੰਪਲ ਮੈਨੂੰ ਇਦਾਂ ਤੇ ਪਤਾ ਵਾ ਕਿ ਕਿਰਪਾਨ ਮੇਰੇ ਉਸਤਾਦ ਜੀ ਉਹਨਾਂ ਨੂੰ ਸਾਰਾ ਪਤਾ ਵਾ, ਇਹਨਾਂ ਸ਼ਸਤਰਾਂ ਦੇ ਨਾਮ ਬਹੁਤ ਗੁੱਝੇ ਆ। ਕਿੱਥੇ ਨੇ ਉਸਤਾਦ ਜੀ ਤੁਹਾਡੇ? ਉਸਤਾਦ ਜੀ ਲਾਗੇ ਨਾਲ ਹੀ ਆ ਜੀ। ਬੁਲਾ ਲਿਓ ਥੋੜਾ ਜਿਹਾ, ਆਪਾਂ ਕਰ ਲਈਏ ਗੱਲਬਾਤ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਾਸਤਰਾਂ ਦੇ ਬਾਰੇ ਬਹੁਤ ਕੁਝ ਜਿਹੜਾ ਕਿ ਸਾਹਮਣੇ ਆਉਂਦਾ ਰਿਹਾ। ਇਹਨਾਂ ਸ਼ਾਸਤਰਾਂ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਨੇਜ਼ਾ, ਕਿਰਪਾਨ, ਜਿਹੜੇ ਕਿ ਆਮ ਲੋਕਾਂ ਨੂੰ ਬਹੁਤ ਥੋੜੇ ਸ਼ਾਸਤਰਾਂ ਦਾ ਪਤਾ ਹੁੰਦਾ, ਪਰ ਇੱਥੇ ਤਾਂ ਬਹੁਤ ਜ਼ਿਆਦਾ ਪਏ ਨੇ। ਮੈਡਮ ਸ਼ਾਸਤਰਾਂ ਬਾਰੇ ਦੱਸ ਦਿਓ ਸਾਰਾ, ਆਪਣੇ ਕਿਹੜੇ ਕਿਹੜੇ ਸ਼ਾਸਤਰ ਨੇ? ਹਾਂਜੀ, ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕੀਆਂ ਜਿੰਦਾ ਵੱਡੇ ਛਾਕੇ ਜੋ ਇਹਦੇ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ। ਇਹ ਜੋ ਤੁਸੀਂ ਟੀਮ ਦੇਖ ਰਹੇ ਹੋ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਜੋ ਅਧੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਆਉਂਦੀ ਹੈ, ਉੱਥੇ ਦੇ ਸਾਰੇ ਵਿਦਿਆਰਥੀ ਹਨ। ਜਿੱਥੇ ਸਿੰਘ ਜ਼ੋਰ ਦਿਖਾ ਰਹੇ ਨੇ, ਉਹਦੇ ਸਿੰਘਣੀਆਂ ਵੀ ਜਿਹੜੇ ਸਾਡੀ ਸਿੱਖ ਮਾਰਸ਼ਲ ਆਰਟ ਗੱਤਕਾ ਹੈ ਉਹਦਾ ਜਿਹੜਾ ਕਰਤੱਵ ਦਿਖਾ ਰਹੇ ਨੇ। ਤੇ ਸ਼ਸਤਰਾਂ ਦੀ ਤੁਸੀਂ ਗੱਲ ਕੀਤੀ, ਇਹਦੇ ਵਿੱਚ ਸ਼ਸਤਰ ਜਿਹੜੇ ਹੈਗੇ ਨੇ ਉਹ ਅਲੱਗ-ਅਲੱਗ ਪ੍ਰਕਾਰ ਦੇ ਸ਼ਸਤਰ ਹੈਗੇ ਜਿਹੜੇ ਪੁਰਾਤਨ ਸਾਡੇ ਸ਼ਸਤਰ ਹੁੰਦੇ ਸੀ। ਜਿੱਦਾਂ ਮੈਂ ਸ਼ਸਤਰਾਂ ਦੇ ਇੱਕ ਸਵਈਏ ਦੀ ਗੱਲ ਕਰਾਂ, ਅਸਕਰ, ਬਾਣ, ਖੰਡੋ, ਖੜਕ, ਤੁਬਕਤਾ, ਬੁਰ, ਤੀਰ, ਸਹਿਬ, ਸਰੋਈ, ਸੈਥੀ, ਇਹ ਹਮਾਰੇ ਪੀਰ। ਗੁਰੂ ਸਾਹਿਬ ਨੇ ਇਹਨਾਂ ਨੂੰ ਪੀਰ ਦਾ ਦਰਜਾ ਦਿੱਤਾ ਹੈਗਾ। ਸੋ ਜਿੱਥੇ ਗੁਰੂ ਸਾਹਿਬ ਨੇ ਭਗਤੀ ਦੀ ਗੱਲ ਕੀਤੀ ਹੈ, ਉੱਥੇ ਸ਼ਕਤੀ ਦੀ ਵੀ ਗੱਲ ਕੀਤੀ ਹੈ। ਮੀਰੀ ਤੇ ਪੀਰੀ ਤਲਵਾਰਾਂ ਦਾ ਵੀ ਜਿਹੜਾ ਹੈਗਾ ਅਰਥ ਇਹੀ ਸੀ ਵੀ ਜਿੱਥੇ ਸਿੱਖਾਂ ਨੇ ਨਾਮ ਬਾਣੀ ਕਰਨੀ ਹੈ ਤਾਂ ਉੱਥੇ ਇਸ ਦੇ ਨਾਲ ਜਿਹੜਾ ਹੈਗਾ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਬਿਲਕੁਲ। ਜਿਵੇਂ ਸ਼ਾਸਤਰਾਂ ਦੇ ਉੱਪਰ ਅਕਸਰ ਸਵਾਲ ਉੱਠਦੇ ਨੇ ਕਿ ਇਹ ਸ਼ਾਸਤਰਾਂ ਦੀ ਪ੍ਰਦਰਸ਼ਨੀ ਕਰਦੇ ਨੇ, ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਅਜਿਹੇ ਟਵੀਟ ਵੀ ਆਉਂਦੇ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਜਿਹੜੇ ਅਜਿਹੇ ਬਿਆਨ ਦੇ ਦਿੰਦੇ ਨੇ ਜਾਂ ਅਜਿਹਾ ਕੁਝ ਬੋਲ ਜਾਂਦੇ ਨੇ? ਦੇਖੋ ਜੀ, ਜੇਕਰ ਤੁਸੀਂ ਕੋਈ ਕੰਮ ਕਰੋਗੇ ਤਾਂ ਤੁਹਾਡੇ ਵਿਰੋਧੀ ਤਾਂ ਹੋਣਗੇ, ਕੋਈ ਵੀ ਫੀਲਡ ਹੈ, ਠੀਕ ਹੈ ਜੀ। ਇਸ ਕਰਕੇ ਸਿੱਖ ਕੌਮ ਦੇ ਜਿਹੜਾ ਹੈਗਾ ਵਿਰੋਧ ਸ਼ੁਰੂ ਤੋਂ ਹੁੰਦਾ ਹੈ, ਕੋਈ ਨਵੀਂ ਗੱਲ ਨਹੀਂ ਹੈਗੀ, ਠੀਕ ਹੈ। ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਇਹ ਸੰਕਲਪ ਬਖਸ਼ਿਆ ਹੈਗਾ ਵੀ ਜਿੱਥੇ ਅਸੀਂ ਬਾਣੀ ਪੜ੍ਹਨੀ ਹੈ, ਬਾਣੀ ਦੇ ਨਾਲ ਜਿਹੜੀ ਹੈਗੀ ਆ ਅਸੀਂ ਸ਼ਸਤਰ ਵਿਦਿਆ ਵੀ ਜਿਹੜੀ ਹੈਗੀ ਨਾਲ ਲਿਖਣੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੁਕਮ ਹੈ ਵੀ ਸ਼ਸਤਰ ਵਿਦਿਆ, ਕਿਉਂਕਿ ਸਿੱਖ ਧਰਮ ਦੇ ਵਿੱਚ ਜੇ ਦੇਖੀਏ ਤਾਂ 6ਵੇਂ ਪਾਤਸ਼ਾਹ ਤੋਂ ਸ਼ਸਤਰ ਵਿਦਿਆ ਦੀ ਸ਼ੁਰੂਆਤ ਹੋਈ ਹੈ। ਕਿਉਂਕਿ ਉਹਨਾਂ ਨੂੰ 2 ਤਲਵਾਰਾਂ ਜੋ ਧਾਰਨ ਕਰਾਈਆਂ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀਆਂ, ਠੀਕ ਹੈ। ਕਿਉਂਕਿ ਵਿਰੋਧੀ ਤਾਂ ਦੇਖੋ ਅਕਸਰ ਕੋਈ ਵੀ ਕੰਮ ਕਰਦੇ ਉੱਥੇ ਵਿਰੋਧ ਤਾਂ ਹੁੰਦਾ ਹੀ ਹੈ, ਪਰ ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਹੈਗੇ, ਠੀਕ ਹੈ। ਸਾਡਾ ਜੋ ਗੁਰੂ ਸਾਹਿਬ ਦਾ ਸੰਕਲਪ ਹੈ ਇਸ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ, ਇਹ ਚੱਲਦਾ ਰਹੇਗਾ ਤੇ ਅੱਗੇ ਵੀ ਚੱਲ ਰਿਹਾ ਹੈ, ਆਉਣ ਵਾਲੇ ਟਾਈਮ 'ਚ ਵੀ ਚੱਲਦਾ ਰਹੇਗਾ ਜੀ। ਜੀ ਬਿਲਕੁਲ। ਹਾਂਜੀ, ਤਾਂ ਬਹੁਤ ਬਹੁਤ ਧੰਨਵਾਦ। ਅਸੀਂ ਇੱਧਰਲੇ ਪਾਸੇ ਚੱਲਦੇ ਹਾਂ। ਕਿੰਨੀ ਕੁ ਮੁਸ਼ਕਿਲ ਆ ਰਹੀ ਆ ਸੰਗਤ ਨੂੰ ਕੰਟਰੋਲ ਕਰਨ ਦੇ ਵਿੱਚ? ਸਰ ਬਹੁਤ ਆ ਰਹੀ ਹੈ, ਕਈ ਤਾਂ ਸੁਣਦੇ ਵੀ ਨਹੀਂ ਹੈਗੇ, ਜਿੱਦਾਂ ਅਸੀਂ ਕਈ ਜਾਣੇ ਕਿ ਪਿੱਛੇ ਹੋ ਜਾ ਹੁੰਦੇ ਹੀ ਨਹੀਂ ਹੈਗੇ ਸਰ, ਬਹੁਤ ਜ਼ਿਆਦਾ ਆ ਰਹੀ ਹੈ। ਕਿਹੜੇ ਥਾਂ ਤੋਂ ਦੱਸੋ? ਸਰ ਮੈਂ ਤਾਂ ਵੈਸੇ ਫਤਿਹਗੜ੍ਹ ਸਾਹਿਬ ਤੋਂ ਹੀ ਆ ਲੋਕਲ, ਬਟ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟਸ ਹਾਂ। ਤੇ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੇ ਸਟੂਡੈਂਟਾਂ ਨਾਲ ਗੱਲ ਕਰੀ ਜਾਵੇ। ਅਸੀਂ ਵੀ ਸਟੂਡੈਂਟ ਰਹੇ ਹਾਂ ਇੱਥੋਂ ਦੇ ਕਦੇ। ਅੱਛਾ ਜੀ, ਹਾਂਜੀ ਸਰ, ਅਸੀਂ ਬਹੁਤ ਜ਼ਿਆਦਾ ਸਾਡੀ ਸਰ ਲੱਗੀ ਹੋਈ ਹੈ, ਅਸੀਂ ਕੈਂਪ ਲੱਗਿਆ ਹੋਇਆ 7 ਦਿਨ ਦਾ ਹੀ ਲੱਗਿਆ ਹੋਇਆ ਸਰ ਅਸੀਂ, ਤੇ ਸਰ ਅਸੀਂ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਹੁਣ ਦਿੱਕਤਾਂ ਆਉਂਦੀਆਂ ਨੇ, ਕੈਂਪਾਂ ਕੂੰਪਾਂ 'ਚ ਘਰ ਦੇ ਮਨਾ ਕਰ ਦਿੰਦੇ ਨੇ ਵੀ ਨਹੀਂ ਜਾਣਾ ਹੈਗਾ, ਕਦੇ ਕੋਈ ਅਜਿਹੀ ਮੁਸ਼ਕਲ ਤਾਂ ਨਹੀਂ ਆਈ ਤੁਹਾਨੂੰ? ਨਹੀਂ ਸਰ, ਮੈਨੂੰ ਨਹੀਂ ਆਈ, ਕਿਉਂਕਿ ਸਰ ਮੈਂ ਇੱਥੇ ਦੀ ਆ, ਫਤਿਹਗੜ੍ਹ ਸਾਹਿਬ ਦੀ ਹਾਂ, ਤੇ ਮੇਰੇ ਘਰਦਿਆਂ ਨੂੰ ਪਤਾ ਹੈ ਕਿ ਇੱਥੇ ਦਾ, ਉਹਨਾਂ ਨੂੰ ਸਾਰਾ ਪਤਾ ਹੈ, ਜਿੱਦਾਂ ਛੋਟੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਨੂੰ ਸਭ ਕੁਝ ਪਤਾ ਹੈ, ਤੇ ਉਹਨਾਂ ਨੇ ਮੈਨੂੰ ਕੋਈ ਰੋਕ ਟੋਕ ਨਹੀਂ ਕੀਤੀ। ਜਿੱਦਾਂ ਅਸੀਂ ਸਵੇਰੇ ਸਾਨੂੰ ਖੁਦ ਛੱਡ ਕੇ ਜਾਂਦੇ ਨੇ, ਖੁਦ ਲੈ ਕੇ ਜਾਂਦੇ ਨੇ ਸਰ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਅਮਲੋਹ ਤੋਂ ਹਾਂ ਸਰ। ਅਸੀਂ ਕੀ ਕਹਿੰਦੇ ਨੇ ਉਰੇ ਡੇਲੀ ਅਪ ਡਾਊਨ ਕਰਦੇ ਹਾਂ, ਯੂਨੀਵਰਸਿਟੀ 'ਚ ਪੜ੍ਹਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ।
ਸਰ ਸਾਨੂੰ ਬਹੁਤ ਮਾਣ ਆ, ਅਸੀਂ ਸਿੱਧਾ ਹੀ ਧਰਤੀ ਦੇ ਉਰੇ ਪੜ੍ਹਦੇ ਆ। ਸਾਨੂੰ ਉਰੇ ਘਰ ਦੇ ਭੇਜਦੇ ਨੇ, ਸਾਨੂੰ ਸਾਡੇ ਘਰ ਦੇ ਕਹਿੰਦੇ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਕਈਆਂ ਨੂੰ ਅਲਾਓ ਨਹੀਂ ਕਰਦੇ ਗਰਲਜ਼ ਨੂੰ, ਤੇ ਉਰੇ ਹੋਸਟਲ ਪ੍ਰੋਵਾਈਡ ਕਰਦੇ ਨੇ ਜਦੋਂ ਕੈਂਪ ਲੱਗਦਾ ਆ, ਤੇ ਨਾਈਟ ਦੀ ਡਿਊਟੀ ਨਹੀਂ ਜੇ ਅਲਾਓ ਕਰਦੇ ਘਰ ਤਾਂ ਅਪ ਡਾਊਨ ਵੀ ਕਰ ਸਕਦੇ ਆ ਆਪਾਂ। ਤੇ ਸਾਨੂੰ ਸਾਡੇ ਪੇਰੈਂਟਸ ਕਹਿੰਦੇ ਨੇ ਸਾਨੂੰ ਆਪਾਂ ਸਿੱਧਾ ਹੀ ਧਰਤੀ ਦੇ ਨੇ, ਸਾਨੂੰ ਸ਼ਹਾਦਤ ਦੀ ਧਰਤੀ ਤੇ ਸੇਵਾ ਕਰਨੀ ਚਾਹੀਦੀ ਆ, ਤਾਂ ਹੀ ਭੇਜਦੇ ਨੇ ਸਾਨੂੰ। ਤੇ ਸਾਨੂੰ ਬਹੁਤ ਮਾਣ ਆ, ਅਸੀਂ ਹਿੱਸਾ ਬਣ ਰਹੇ ਆ ਇੱਥੇ ਸ਼ਹਾਦਤ ਦੀ ਧਰਤੀ ਦਾ। ਜੀ ਬਿਲਕੁਲ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਚੱਲ ਕੇ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਇਕੱਲੇ ਪੱਖ ਤੋਂ ਜਿਹੜੀ ਕਿ ਗੱਲ ਕਰਨੀ ਚਾਹਾਂਗੇ। ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਦੇ ਉੱਪਰ ਸਲੋਗਨ ਲਿਖੇ ਗਏ ਨੇ। ਇਹਨਾਂ ਫੱਟਿਆਂ ਦੇ ਉੱਪਰ ਜੋ ਸਲੋਗਨ ਲਿਖੇ ਗਏ ਨੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਤਾਂ ਇਹ ਉਹਨਾਂ ਬੀਬੀਆਂ ਦੇ ਲਈ ਵੀ ਸਲੋਗਨ ਲਿਖੇ ਗਏ ਨੇ ਜਿਹੜੀਆਂ ਸੱਸਾਂ ਬਣ ਜਾਂਦੀਆਂ ਨੇ। ਸੱਸਾਂ ਬਣ ਕੇ ਫਿਰ ਨੂੰਹ ਨੂੰ ਕਹਿੰਦੀਆਂ ਨੇ ਕਿ ਮੁੰਡਾ ਹੋਣਾ ਚਾਹੀਦਾ, ਕੁੜੀ ਨਹੀਂ ਹੋਣੀ ਚਾਹੀਦੀ। ਤਾਂ ਜੋ ਉਹ ਇਹ ਗੱਲਾਂ ਦੇਖ ਲੈਣ ਕਿ ਇਹ ਨੌਜਵਾਨ ਕੁੜੀਆਂ ਇਸ ਧਰਤੀ ਤੇ ਨੇ ਜੋ ਇੱਥੇ ਸੇਵਾ ਕਰ ਰਹੀਆਂ ਨੇ। ਤਾਂ ਅਸੀਂ ਚੱਲਦੇ ਹਾਂ ਅੱਗੇ, ਪ੍ਰੋਫੈਸਰ ਸਾਹਿਬ ਖੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਜਗ੍ਹਾ ਤੇ ਪੜ੍ਹੇ ਆ, ਮਾਤਾ ਗੁਜਰੀ ਕਾਲਜ ਦੇ ਵਿੱਚ ਪੜ੍ਹ ਕੇ ਗਏ ਆ। ਅੱਜ ਬੜਾ ਵਧੀਆ ਲੱਗ ਰਿਹਾ ਕਿ ਸਟੂਡੈਂਟਾਂ ਨੂੰ ਅਸੀਂ ਪੁੱਛ ਰਹੇ ਹਾਂ ਕਿ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਇੱਥੇ ਸੇਵਾ ਕਰਕੇ, ਕੀ ਕੁਝ ਸਾਹਮਣੇ ਆ ਰਿਹਾ। ਤੁਸੀਂ ਆਈ ਵਾਰ ਇੱਥੇ ਦੇਖਦੇ ਹੋ ਸਰ, ਮਤਲਬ ਕਿੰਨੀਆਂ ਕਿ ਜਿਹੜੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨਾ ਕਿ ਜਿਹੜਾ ਕਿ ਕੌਮ ਜਾਂ ਸਟੂਡੈਂਟਾਂ ਨੂੰ ਜਾਂ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ, ਜਾਂ ਕਿੰਨਾ ਕੁ ਤੁਸੀਂ ਦੱਸਦੇ ਰਹਿੰਦੇ ਹੋ। ਦੇਖੋ, ਯੂਨੀਵਰਸਿਟੀ ਵੱਲੋਂ ਅਸੀਂ ਹਰ ਇੱਕ ਜਿਹੜੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਆ, ਗੁਰੂ ਸਾਹਿਬਾਨ ਦੇ ਸ਼ਹੀਦੀ ਪੁਰਬ ਆ, ਜਾਂ ਹੋਰ ਸਿੱਖੀ ਨਾਲ ਜਿਹੜੇ ਸੰਬੰਧਿਤ ਦਿਹਾੜੇ ਆ, ਅਸੀਂ ਯੂਨੀਵਰਸਿਟੀ ਵਿੱਚ ਹਰ ਵਾਰੀ ਲਗਾਤਾਰ ਮਨਾਉਂਦੇ ਆ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਇਤਿਹਾਸ ਨਾਲ ਜਾਣੂ ਕਰਾਈਏ। ਉਸ ਤੋਂ ਇਲਾਵਾ ਅਸੀਂ ਸਾਰੇ ਕੋਰਸਾਂ ਦੇ ਵਿੱਚ ਸਾਰੇ ਬੱਚਿਆਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਬਾਰੇ ਇੱਕ ਪੇਪਰ ਬੱਚਿਆਂ ਨੂੰ ਪਾਸ ਕਰਨਾ ਪੈਂਦਾ ਆ, ਔਰ ਸਾਰੇ ਬੱਚੇ ਕੰਪਲਸਰੀ ਪੇਪਰ ਪੜ੍ਹਦੇ ਆ। ਉਸ ਤੋਂ ਇਲਾਵਾ ਅਸੀਂ ਪੰਜਾਬੀ ਦਾ ਵਿਸ਼ਾ ਜਿਹੜਾ ਆ ਸਾਰੇ ਕਲਾਸਾਂ ਵਾਸਤੇ ਲਾਗੂ ਕੀਤਾ ਆ। ਹਰ ਇੱਕ ਸਮੈਸਟਰ ਦੇ ਵਿੱਚ ਬੱਚੇ ਪੰਜਾਬੀ ਦਾ ਵਿਸ਼ਾ ਪੜ੍ਹਦੇ ਆ। ਤੇ ਸਿੱਖ ਇਤਿਹਾਸ ਬਾਰੇ ਵੀ ਅਸੀਂ ਬੱਚਿਆਂ ਨੂੰ ਵੈਲਿਊ ਐਡਡ ਕੋਰਸਿਸ ਦੇ ਵਿੱਚ ਪੜ੍ਹਾਉਂਦੇ ਆ। ਤੇ ਉਸ ਤੋਂ ਇਲਾਵਾ ਅਸੀਂ ਇੱਕ ਗੱਤਕੇ ਦਾ ਡਿਪਲੋਮਾ ਸ਼ੁਰੂ ਕੀਤਾ ਹੈ ਯੂਨੀਵਰਸਿਟੀ ਦੇ ਵਿੱਚ, ਜਿਹਦੇ ਵਿੱਚ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਤੇ 30 ਸੀਟਾਂ ਦੇ ਨਾਲ ਇੱਕ ਸਾਡਾ ਕੋਰਸ ਬਹੁਤ ਸਫਲਤਾਪੂਰਵਕ ਚੱਲ ਰਿਹਾ ਆ। ਉਸ ਤੋਂ ਇਲਾਵਾ 100 ਅੰਮ੍ਰਿਤਧਾਰੀ ਬੱਚੀਆਂ ਜਿਹੜੀਆਂ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਆ, ਇਹਨਾਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਆ। ਯੂਨੀਵਰਸਿਟੀ ਦੀ ਫੀਸ, ਹੋਸਟਲ ਦੀ ਰਿਹਾਇਸ਼ ਤੇ ਹੋਸਟਲ ਦੇ ਖਾਣੇ ਦਾ ਕੋਈ ਖਰਚਾ ਨਹੀਂ ਲੈਂਦਾ ਬੱਚਿਆਂ ਤੋਂ। ਤੇ ਇਹਨਾਂ ਬੱਚਿਆਂ ਨੂੰ ਸਵੇਰ ਤੇ ਸ਼ਾਮ ਦਾ ਨਿਤਨੇਮ ਕਰਵਾਇਆ ਜਾਂਦਾ ਹੈ, ਤਾਂ ਕਿ ਇਹ ਸਾਡੇ ਇੱਕ ਦੂਤ ਵਜੋਂ ਸੰਗਤ ਦੇ ਵਿੱਚ ਵਿਚਰ ਸਕਣ। ਇਹ ਦਾੜਿਆਂ ਤੇ ਇਹ ਝੰਡੇ ਬੁੰਗਿਆਂ ਤੇ ਕਈ ਵਾਰ ਸਵਾਲ ਖੜੇ ਹੋ ਜਾਂਦੇ ਹੁੰਦੇ ਨੇ। ਅੱਜ ਉਹੀ ਕੇਸਰੀ ਨਿਸ਼ਾਨ ਤੇ ਉਹੀ ਦਾੜੇ ਖੁੱਲੇ ਇਹਨਾਂ ਨੂੰ ਮਿਲ ਰਹੇ ਨੇ। ਅੱਜ ਕੀ ਕਹਿਣਾ ਚਾਹੋਗੇ ਜਿਹੜੇ ਇਹ ਜਿਹੇ ਸਵਾਲ ਖੜੇ ਕਰਦੇ ਨੇ? ਦੇਖੋ, ਇਹ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ ਜਿਹੜੇ ਸਵਾਲ ਖੜਾ ਕਰਦੇ ਆ। ਕਿਤੇ ਨਾ ਕਿਤੇ ਉਹ ਸਿੱਖੀ ਦੇ ਵਿੱਚੋਂ ਵਿਸ਼ਵਾਸ ਲੋਕਾਂ ਦਾ ਹਟਾਉਣਾ ਚਾਹੁੰਦੇ ਆ, ਤੇ ਝੰਡੇ ਬੁੰਗੇ ਜਾਂ ਸਰੋਵਰ ਸਾਡੇ ਜਿਹੜੇ ਆ ਜਾਂ ਤੀਰਥ ਸਥਾਨ ਆ, ਗੁਰਦੁਆਰਾ ਸਾਹਿਬਾਨ ਆ, ਤੇ ਉਹਦੇ ਵਿੱਚ ਸੰਗਤ ਦੀ ਆਸਥਾ ਰਹੀ ਆ ਤੇ ਰਹੇਗੀ। ਤੇ ਉਹਦਾ ਇੱਕ ਪ੍ਰਤੱਖ ਪ੍ਰਮਾਣ ਇਹ ਆ ਕਿ ਸ਼ਹੀਦੀ ਸਭਾ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਆ। ਇਹ ਸੰਗਤ ਹਰ ਸਾਲ ਵੱਧ ਰਹੀ ਆ। ਤਾਂ ਇਹਦਾ ਮਤਲਬ ਜੋ ਉਹ ਮੁੱਠੀ ਭਰ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਦੇ ਵਿਰੁੱਧ ਪ੍ਰਚਾਰ ਕਰਦੇ ਆ, ਤੇ ਉਹ ਅਲੱਗ ਥਲੱਗ ਆ, ਤੇ ਉਹਨਾਂ ਦਾ ਪ੍ਰਚਾਰ ਦਾ ਸੰਗਤ 'ਤੇ ਅਸਰ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੀ ਆਸਥਾ ਜਿਹੜੀ ਗੁਰੂ ਸਾਹਿਬ 'ਤੇ ਅਟੁੱਟ ਹੈ। ਇਹ ਵੀ ਕਿਹਾ ਜਾਂਦਾ ਕਿ ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨੇ ਚਾਹੀਦੇ ਸੀ ਉਹ ਕਰ ਨਹੀਂ ਪਾਈ, ਪਰ ਅੱਜ ਅਸੀਂ ਇਸੇ ਕਰਕੇ ਤੁਹਾਡੇ ਕੋਲ ਆਏ ਹਾਂ ਕਿ ਅਦਾਰੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਦੇ ਵਿੱਚ। ਕਿੰਨਾ ਕੁ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਕੋਲ ਜਿਹੜੇ ਆਰਥਿਕ ਸਾਧਨ ਆ ਉਹ ਸੀਮਤ ਆ। ਸੰਗਤ ਦੀ ਜਿਹੜਾ ਚੜਾਵਾ ਆ ਉਹਦੇ ਨਾਲ ਹੀ ਉਹਨਾਂ ਕੋਲ ਜਿਹੜਾ ਪੈਸਾ ਆਉਂਦਾ ਆ। ਉਹਦੇ ਬਾਵਜੂਦ ਲੰਗਰ ਦਾ ਪ੍ਰਬੰਧ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਅਕਾਦਮਿਕ ਪ੍ਰਬੰਧ ਜਿਹੜਾ ਆ ਵਿੱਦਿਆ ਪ੍ਰਦਾਨ ਕਰ ਰਹੀ ਆ। ਕਾਫੀ ਬੱਚਿਆਂ ਨੂੰ ਮੁਫਤ ਵਿੱਦਿਆ ਦੀ ਸਹੂਲਤ ਦੇ ਰਹੀ ਆ। ਉਸ ਤੋਂ ਇਲਾਵਾ ਕੋਈ ਵੀ ਸਮਾਜਿਕ ਆਫਤ ਆ ਜਾਵੇ ਤਾਂ ਉਹਦੇ ਵਿੱਚ ਵੀ ਜਿਹੜੀ ਆ SGPC ਵੱਧ ਚੜ੍ਹ ਕੇ ਹਿੱਸਾ ਲੈਂਦੀ ਆ, ਤੇ ਹੋਰ ਸਿੱਖ ਕੌਮ ਦੇ ਸਾਰੇ ਮਸਲਿਆਂ ਵਾਸਤੇ ਜਿਹੜੀ ਆ ਉਹ
ਮੇਰੇ ਖਿਆਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਮੇਂ ਪਹਿਲ ਕਦਮੀ ਕੀਤੀ ਜਾਂਦੀ ਆ। ਸੋ ਕੁਝ ਲੋਕ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਜ਼ਿਸ਼ ਦੇ ਤਹਿਤ, ਤਾਂ ਉਹ ਨਹੀਂ ਹੋਣਾ ਚਾਹੀਦਾ। ਜੇ ਕੋਈ ਕਮੀਆਂ ਵੀ ਮਹਿਸੂਸ ਹੁੰਦੀਆਂ ਤਾਂ ਸਾਨੂੰ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇੰਨੀਆਂ ਕੁਰਬਾਨੀਆਂ ਤੋਂ ਬਾਅਦ ਜੋ ਸੰਸਥਾ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਨੂੰ ਸਾਰਿਆਂ ਨੂੰ ਉਹਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਕਿ ਪ੍ਰੋਫੈਸਰ ਸਾਹਿਬਾਨ ਸੀ, BC ਸਾਹਿਬਾਨ ਸੀ, ਪ੍ਰਿੰਸੀਪਲ ਸਾਹਿਬਾਨ ਸੀ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਦੇ ਸਟੂਡੈਂਟਾਂ ਦੇ ਨਾਲ ਵੀ ਗੱਲ ਕਰੀ ਆ। ਪਰ ਤੁਹਾਨੂੰ ਇੱਕ ਨਜ਼ਾਰਾ ਹੋਰ ਦਿਖਾ ਦਿੰਨੇ ਆ ਇਸ ਸ਼ਹੀਦੀ ਸਭਾ ਦੇ ਵਿੱਚ। ਉਹ ਕੀ ਆ ਕਿ ਪਿੱਛੇ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਕਿ ਪਾਰਟੀ ਦੇ ਬੰਦੇ ਪਹੁੰਚੇ ਨੇ, ਉਹਨਾਂ ਦੇ ਵੱਲੋਂ ਇਹ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਲੋਕ ਸਭਾ ਦੇ ਵਿੱਚ ਖੜੀਆਂ ਹੋਈਆਂ, ਜੋ ਤਸਵੀਰਾਂ ਦੀ ਗੱਲ ਲੋਕ ਸਭਾ ਦੇ ਵਿੱਚ ਗੱਲ ਕੀਤੀ ਗਈ। ਸਿੱਧੂ ਮੂਸੇਵਾਲਾ, ਸ਼ੁਭਦੀਪ ਸਿੰਘ ਦੀਪ ਸਿੱਧੂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਜੀਤ ਸਿੰਘ ਨਿੱਜਰ, ਤਾਂ ਉਹਨਾਂ ਦੀਆਂ ਤਸਵੀਰਾਂ ਨੂੰ ਲੈ ਕੇ ਅੱਜ ਇਸ ਸਭਾ ਦੇ ਵਿੱਚ ਇੱਕ ਹਿੱਸਾ ਬਣੇ ਨੇ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਸਾਂਝਾ ਹੋ ਰਿਹਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਪਹਿਲਾਂ ਹੀ ਕਿਹਾ ਸੀ ਕਿ ਹਰ ਪੱਖ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਹਰ ਪੱਖ ਤੋਂ ਤੁਹਾਨੂੰ ਦਿਖਾਵਾਂਗੇ ਕਿ ਇਸ ਸਭਾ ਦੇ ਵਿੱਚ ਕਿਹੜੀਆਂ ਜਿਹੜੀਆਂ ਕਿ ਸਾਹਮਣੇ ਆ ਰਿਹਾ ਹੈਗਾ ਜੋ ਕੁਝ ਵੀ ਆ। ਤਾਂ ਮਾਨ ਸਿੰਘ ਮਾਨ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦੀ ਸਭਾ ਦੇ ਵਿੱਚ ਇਹਨਾਂ ਬਾਈ ਦੀਪ ਸਿੱਧੂ ਮੂਸੇਵਾਲੇ ਹੋਰਾਂ ਦੀ ਤਸਵੀਰ ਜਿਹੜੀ ਕਿ ਲੋਕ ਸਭਾ ਦੇ ਵਿੱਚ ਬੋਲਣ ਤੋਂ ਮਾਨ ਸਾਹਿਬ ਨੂੰ ਰੋਕ ਦਿੱਤਾ ਗਿਆ ਸੀ, ਟੋਕ ਦਿੱਤਾ ਗਿਆ ਸੀ। ਅੱਜ ਫਿਰ ਇਸ ਸਭਾ ਦੇ ਵਿੱਚ ਇਹ ਤਸਵੀਰਾਂ ਲੈ ਕੇ ਖੜੇ ਹੋਏ ਆ ਜਿੱਥੇ ਸਾਹਿਬਜ਼ਾਦਾ ਜ਼ੋਰਾ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਹੋਈ ਹੈ। ਇੱਕ ਮੁਗਲ ਹਕੂਮਤ ਜਿਸ ਨੇ ਬਹੁਤ ਗਲਤ ਤਰੀਕੇ ਨਾਲ ਉਹਨਾਂ ਨੂੰ ਫੜ ਕੇ ਬੇਕਾਨੂੰਨ ਕਤਲ ਕੀਤਾ ਸੀਗਾ, ਉਹ ਹਾਲਾਤ ਸਿੱਖ ਕੌਮ ਦੀ ਇਸ ਹਕੂਮਤ 'ਚ ਫਿਰ ਆ ਰਹੀ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੇਕਸੂਰ ਸਿੱਖਾਂ ਨੂੰ ਕਤਲੇਆਮ 1984 ਦਾ ਕਰਦੇ ਆਏ ਆ, ਪੰਜਾਬ 'ਚ ਪੁਲਿਸ ਨੇ ਕੀਤਾ ਔਰ ਇਸ ਤੋਂ ਇਲਾਵਾ ਬਾਹਰਲੇ ਦੇਸ਼ਾਂ 'ਚ ਹੁਣ ਇਹ ਕਤਲ ਕਰਨ ਲੱਗ ਪਏ ਆ। ਸੋ ਅਸੀਂ ਆਪਣੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨੰਦੇ ਨਜ਼ਰ ਰੱਖ ਕੇ ਅਸੀਂ ਅੱਜ ਇਹਨਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਭਾਰਤ ਦੀ ਹਕੂਮਤ ਨੇ ਉਸੇ ਤਰ੍ਹਾਂ ਕੋ ਕੇ ਮਾਰਿਆ ਜਿਸ ਤਰ੍ਹਾਂ ਮੁਗਲ ਹਕੂਮਤ ਨੇ ਕੀਤਾ ਸੀ। ਲੱਗਦਾ ਵੀ ਅੱਜ ਇਹ ਜਾਇਜ਼ ਸੀ ਇਸ ਜਗ੍ਹਾ ਤੇ ਇਹਨਾਂ ਦੀਆਂ ਤਸਵੀਰਾਂ ਲਾਉਣੀਆਂ ਅੱਜ ਜਾਇਜ਼ ਮੰਨੀਆਂ ਗਈਆਂ ਨੇ, ਕਿਉਂਕਿ ਕਈ ਵਿਰੋਧੀ ਪਾਰਟੀਆਂ ਇਹ ਵੀ ਸਵਾਲ ਖੜੇ ਕਰਨੇ ਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਥਾਂ ਤੇ ਇਹਨਾਂ ਦੀਆਂ ਤਸਵੀਰਾਂ ਕਿਉਂ ਲਗਾਈਆਂ ਗਈਆਂ। ਵੈਸੇ ਤਾਂ ਅਸੀਂ ਤਾਂ ਬਾਣੀ ਦੇ ਉਪਾਸ਼ਕ ਹਾਂ, ਤੁਰਕੀ ਬਾਣੀ ਆਈ ਉਹਦੇ ਸੋਚ ਅਧੀਨ ਫੋਟੋਆਂ ਤਾਂ ਵੈਸੇ ਹੀ ਬੈਨ ਹੈ, ਪਰ ਅਸੀਂ ਦੇਖਦੇ ਹਾਂ SGPC ਦੇ ਵਿੱਚ ਇਹਨਾਂ ਨੇ ਵੱਖ-ਵੱਖ ਪਤਾ ਨਹੀਂ ਕਿਹਦੀ ਸ਼ਕਲ ਪਾ ਕੇ ਗੁਰੂ ਸਾਹਿਬਾਨ, ਕਿਹਦੀ ਸ਼ਕਲ ਪਾ ਕੇ ਸਾਹਿਬਜ਼ਾਦਿਆਂ ਦੀ ਇਹਨਾਂ ਨੇ ਫੋਟੋ ਲਾਈ ਹੋਈ ਹੈ। ਅਸੀਂ ਸਮਝਦੇ ਹਾਂ ਕਿ ਇਹ ਜਿਹੜੀਆਂ ਫੋਟੋਆਂ ਹੈ ਇਹ SGPC ਨੇ ਜਿਹੜੀ ਪ੍ਰਮੋਸ਼ਨ ਕੀਤੀ ਹੈ ਇਹਦੀ, ਇਹ ਸਿੱਖੀ ਦੇ ਬਰਖਲਾਫ ਹੈ। ਪਰ ਇਹ ਇਨਸਾਨ ਅਸਲ 'ਚ ਇੱਥੇ ਜਿਉਂਦੇ ਸੀਗੇ ਜਿਨ੍ਹਾਂ ਨੂੰ ਭਾਰਤ ਨੇ ਮਾਰਿਆ। ਅਸੀਂ ਇਸ ਕਰਕੇ ਉਸ ਨੂੰ ਸ਼ਹਾਦਤ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੰਦੇ ਨਜ਼ਰ ਰੱਖਦੇ ਹੋਏ ਅੱਜ ਜੋ ਹਕੂਮਤਾਂ ਜ਼ੁਲਮ ਕਰ ਰਹੀਆਂ ਉਹਨਾਂ ਨੂੰ ਯਾਦ ਕਰਕੇ ਅਸੀਂ ਇਹਨਾਂ ਦੀਆਂ ਫੋਟੋ ਨਾਲ ਤੁਰ ਰਹੇ ਹਾਂ। ਇਹ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ, ਜਾਇਜ਼ ਮੰਨਦੇ ਹੋ ਖਾਲਿਸਤਾਨ ਜਿੰਦਾਬਾਦ ਕਹਿਣਾ? ਇਹ ਧਰਤੀ ਉਹ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਖਾਲਸਾ ਰਾਜ ਸਥਾਪਿਤ ਕੀਤਾ ਸੀ, ਜਿੱਥੇ ਜ਼ਿਮੀਂਦਾਰਾਂ ਨੂੰ ਆਪਣੇ ਜ਼ਮੀਨ ਵਾਹੁਣ ਦਾ ਹੱਕ ਦਿੱਤਾ ਸੀਗਾ ਔਰ ਨਾਨਕਸ਼ਾਹੀ ਸਿੱਕਾ ਉਰੇ ਛਾਪਿਆ ਗਿਆ ਸੀਗਾ। ਅੱਜ ਇਹ ਹਕੂਮਤ ਸਾਡੇ ਉੱਤੇ ਕੇਜਰੀਵਾਲ ਕਹਿੰਦਾ ਹੈ ਕਿ ਅਸੀਂ ਸਤਿਕਾਰਯੋਗ ਹਿੰਦੂ ਧਰਮ ਦੀ ਲక్ష్ਮੀ ਮਾਤਾ ਜੀ ਦੀ ਫੋਟੋ ਨੋਟਾਂ ਤੇ ਲਾਉਣਾ ਹੈ, ਤੇ ਇਹ ਜਿਹੜੀ ਬੁੱਤ ਪੂਜਾ ਤੇ ਇਹ ਜਿਹੜੀ ਸੋਚ ਹੈ ਇਹ ਸਿੰਘ ਸਭਾ ਨੇ ਸਾਡੇ ਗੁਰੂ ਘਰਾਂ ਚੋਂ ਕੱਢੀ ਸੀ। ਸੋ ਅਸੀਂ ਸਮਝਦੇ ਹਾਂ ਕਿ ਇੱਥੇ ਖਾਲਿਸਤਾਨ ਦੀ ਮੰਗ ਜ਼ਰੂਰੀ ਹੈ, ਕਿਉਂਕਿ ਸਾਡੇ ਉੱਤੇ ਹਿੰਦੂ ਰਾਸ਼ਟਰ ਲਾਗੂ ਕੀਤਾ ਜਾ ਰਿਹਾ ਹੈਗਾ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੁਰੂ ਸਾਹਿਬ ਦਾ ਵਚਨ ਸੀ ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਉਹਦਾ ਪ੍ਰਗਟਾਵਾ ਹੋਏ ਤੇ ਖਾਲਸਾ ਰਾਜ ਹੋਵੇ। ਖਾਲਸਾ ਰਾਜ ਦੀ ਗੱਲ ਕਰੀ ਹੈ, ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਸੀ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਸੀ, ਪਰ ਉਹਨਾਂ ਨੇ ਤਾਂ ਕਦੇ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਕਰੀ। ਜੇਕਰ ਇਤਿਹਾਸ ਨੂੰ ਫਰੋਲਦੇ ਆਂ ਬਾਚਦੇ ਆਂ, ਸਾਡੀ ਸਮਝ 'ਚ ਉਹ ਖਾਲਸਾ ਰਾਜ ਖਾਲਸਾਸਤਾਨ ਹੀ ਸੀਗਾ। ਤੁਸੀਂ ਕਿਸੇ ਹੋਰ ਨਾਮ ਜਾਣਦੇ ਹੋਵੋਗੇ ਤੁਸੀਂ ਉਹਦੇ ਨਾਲ ਲੈ ਲਓ, ਪਰ ਸਾਨੂੰ ਤਾਂ ਜਿਹੜੀ ਸੋਚ ਖਾਲਸਾਈ ਹੈ ਉਸ ਅਧੀਨ ਜਿਹੜੇ ਰਾਜ ਹੋਏ ਆ ਉਹ ਸਾਨੂੰ ਖਾਲਿਸਤਾਨ ਦੇ ਰੂਪ 'ਚ ਨਜ਼ਰ ਆਉਂਦੇ ਆ।
ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਦੇ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਬਾਹਰਲੇ ਮੁਲਕਾਂ ਵਿੱਚ ਇੰਡੀਆ ਵਿੱਚ ਕਤਲ ਕੀਤੇ ਗਏ ਸਿਰਕੱਢ ਸਿੱਖ। ਤਾਂ ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆ। ਤਾਂ ਅਸੀਂ ਤੁਹਾਡੇ ਨਾਲ ਜਿਹੜੀ ਕਿ ਇੱਕ ਤਸਵੀਰ ਹੋਰ ਪਿੱਛੇ ਚੱਲ ਕੇ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡਾ ਇਹ ਬਣਦਾ ਕਿ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰੀਏ, ਕਿਉਂਕਿ ਇੱਥੇ ਲੰਗਰਾਂ ਦੀਆਂ ਤਸਵੀਰਾਂ ਬੜੀਆਂ ਦਿਖਾ ਦਿੱਤੀਆਂ ਜਾਂਦੀਆਂ, ਇੱਥੇ ਹੋਰ ਕੁਝ ਬੜਾ ਦਿਖਾ ਦਿੱਤਾ ਜਾਂਦਾ, ਪਰ ਜਿਹੜੀਆਂ ਇਹ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਜ਼ਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਸ ਧਰਤੀ ਤੇ ਜਿਹੜਾ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜ ਰਹੇ ਨੇ, ਪਰ ਜਦੋਂ ਸਵਾਲ ਕਰੀਦੇ ਨੇ ਪਤਾ ਨਹੀਂ ਕਿਉਂ ਅਜਿਹਾ ਕੁਝ ਹੋ ਜਾਂਦਾ। ਪਰ ਚਲੋ ਅਸੀਂ ਤੁਹਾਨੂੰ ਤਸਵੀਰ ਜਿਹੜੀ ਕਿ ਅੱਗੇ ਚੱਲ ਕੇ ਦਿਖਾਉਣੇ ਆ। ਇਹ ਨਿਹੰਗ ਸਿੰਘਾਂ ਦੇ ਜ਼ੋਰ ਨੇ। ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਦੁਨੀਆ ਹੁੰਦੀ ਆ, ਹਰ ਇੱਕ ਤਰ੍ਹਾਂ ਦੇ ਜਿਹੜੇ ਕਿ ਲੋਕ ਹੁੰਦੇ ਨੇ ਇਹਨਾਂ ਇਕੱਠਾਂ ਦੇ ਵਿੱਚ, ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਦਿਖਾ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ ਜੀ। ਕੁਝ ਬੋਲਣਾ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਤੁਹਾਡਾ ਚੈਨਲ ਆ, ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਭਗਵੰਤ ਮਾਨ ਵੀ ਜਿਹੜਾ ਚਿੱਟਾ ਵਿਕਦਾ ਨਾ, ਚਿੱਟਾ ਵਿਕਦਾ ਉਹ ਚਿੱਟਾ ਬੰਦ ਕਰ ਦੇ, ਨਹੀਂ ਤੇਰੀ ਨਾਥਾਂ ਧੂਆਂ ਕਰ ਦਿਆਂਗੇ। ਚਿੱਟਾ ਬੰਦ ਕਰਾਉਣਾ ਤੁਸੀਂ ਸਰਕਾਰ ਜੀ। ਇਹਨਾਂ ਸਿੰਘ ਸਾਹਿਬ ਦੀ ਅਪੀਲ ਆ ਕਿ ਚਿੱਟਾ ਬੰਦ ਹੋ ਜਾਏ। ਇਹ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਜ਼ੋਰ ਨੇ। ਇਹ ਜੋ ਜ਼ੋਰ ਦਿਖਾਏ ਜਾਂਦੇ ਨੇ ਗੱਤਕੇ ਦੇ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਸ ਸ਼ਾਸਤਰਾਂ ਦੇ ਉੱਤਰ ਕਾਫੀ ਸਵਾਲ ਖੜੇ ਹੁੰਦੇ ਨੇ, ਕਾਫੀ ਕੁਝ ਜਿਹੜਾ ਕਿ ਬੋਲਿਆ ਜਾਂਦਾ ਸ਼ਾਸਤਰਾਂ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਫਤਿਹ ਸਿੰਘ ਜੀ ਦਾ ਪੰਥ ਚਲਾਇਆ ਹੋਇਆ ਜੀ, ਬਾਬਾ ਬੁੱਢਾ ਦਲ। ਬਾਕੀ ਸਾਡੇ ਜਥੇਦਾਰ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸ਼ਾਸਤਰ ਵਿਦਿਆ ਇਹ ਬਾਬਾ ਬੁੱਢਾ ਜੀ ਦੀ ਦੇਣ ਆ ਜੀ। ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਨੇ ਬਚਨ ਕੀਤੇ ਸੀਗੇ ਵੀ ਮਹਾਰਾਜ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜੀ ਕਹਿੰਦੇ ਸਨ ਵੀ ਮਹਾਰਾਜ ਕਹਿੰਦੇ ਸ਼ਾਸਤਰ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਡਲੇ ਮਲੇ ਹੈ। ਜਿਹੜਾ ਇਹ ਰਾਜ ਆ ਇਹ ਸ਼ਾਸਤਰਾਂ ਦੇ ਅਧੀਨ ਆ, ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੂੰ ਵਰਦਾਨ ਬਾਬਾ ਬੁੱਢਾ ਜੀ ਨੇ ਜਿਸ ਸਮੇਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ, ਉਸ ਸਮੇਂ ਬਾਬਾ ਬੁੱਢਾ ਜੀ ਨੇ ਦੇਖ ਕੇ ਛੇਵੇਂ ਪਾਤਸ਼ਾਹ ਖੁਸ਼ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਬੁੱਢਿਆ ਇਹ ਕਿੰਨੀ ਫੌਜ ਲੈ ਕੇ ਆਇਆ? ਵੀ ਜ਼ਿਆਦਾ ਸੀ ਗਵਾਲੀਅਰ ਦੇ ਕਿਲੇ 'ਚ ਆਏ ਸੀ, ਉਸ ਸਮੇਂ 18,000 ਤੇਰੇ ਕੋਲ ਫੌਜ ਛੱਡ ਕੇ ਆਏ ਸੀ, ਅੱਜ ਤੂੰ 32,000 ਫੌਜਾਂ ਦਾ ਇਕੱਠ ਲੈ ਕੇ ਆਇਆ। ਉਹਨਾਂ ਤੋਂ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਚਨ ਕੀਤੇ ਸੀ ਵੀ ਧੰਨ ਧੰਨ ਬਾਬਾ ਬੁੱਢਾ ਜੀ ਆਪ ਜੀ ਦੇ ਨਾਂ ਤੇ ਦਲ ਪੰਥ ਚੱਲੇਗਾ, ਜਿਸ ਦਾ ਨਾਂ ਬੁੱਢਾ ਦਲ ਹੋਵੇਗਾ।
ਜਿਹਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਸ਼ਾਸਤਰ ਵਿੱਦਿਆ ਘੋੜ ਸਵਾਰੀ ਦੀ ਦਾਤ ਬਖਸ਼ੀ। ਅੱਜ ਉਹੀ ਮਰਿਆਦਾ ਨਿਹੰਗ ਸਿੰਘ ਸਾਂਭੀ ਬੈਠੇ ਨੇ ਜੋ ਕਿ ਹਰ ਸਾਲ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਰਦੇ ਹੋਏ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਅਖਾੜਾ ਗੁਰੂ ਦੀਆਂ ਲਾਡਲੀਆਂ ਫੌਜਾਂ ਇੱਥੇ ਹਾਜ਼ਰੀ ਭਰਨ ਆਉਂਦੀਆਂ ਨੇ, ਜਿਨ੍ਹਾਂ ਦਾ ਮਿਸ਼ਨ ਹੈ ਸ਼ਾਸਤਰ ਵਿੱਦਿਆ ਤੇ ਘੋੜ ਸਵਾਰੀ, ਗੁਰਬਾਣੀ ਸੰਥਿਆ ਤੇ ਬਾਣੀ ਬਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਗੱਜ ਗੱਜ ਕਰ ਜਾਵੇ ਨਾਲ ਹੋ ਜਾਵੇ ਪੁੱਤਰਾਂ ਦਾ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਵੇ। ਸਤਿ ਸ੍ਰੀ ਅਕਾਲ। ਅਸੀਂ ਤੁਹਾਨੂੰ ਇਹ ਜੌਹਰ ਅੱਜ ਗੱਤਕੇ ਦੇ ਜਿਹੜੇ ਇੱਥੇ ਨਿਹੰਗ ਸਿੰਘਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ, ਤੁਹਾਡੇ ਤੱਕ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰਾਂਗੇ। ਇਹ ਤਸਵੀਰਾਂ ਆਹ ਤਾਂ ਤੁਸੀਂ ਦੇਖੋਗੇ ਕਿ ਇਹ ਤਸਵੀਰਾਂ ਦੇ ਜ਼ਰੀਏ ਖੁੰਡੀਆਂ ਹੋਈਆਂ ਕਿਰਪਾਨਾਂ ਕਿਵੇਂ ਉਦੋਂ ਜ਼ਾਲਮ ਦੀਆਂ ਗਰਦਨਾਂ ਤੇ ਬਰੀਆਂ ਤੇ ਕਿਵੇਂ ਉਦੋਂ ਜ਼ਾਲਮ ਨੂੰ ਜਿਹੜਾ ਕਿ ਜਨੇ ਚਵਾਏ ਖੁੰਡੀਆਂ ਹੋਈਆਂ ਕਿਰਪਾਨਾਂ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਜਿਹੜੀਆਂ ਕਿ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। CBSE ਬੋਰਡ ਦੇ ਜਿਹੜੇ ਸਟੂਡੈਂਟ ਨੇ, ਅਕੈਡਮੀ ਆ, ਇਸੇ ਅਕੈਡਮੀ ਦੀ ਨੇ ਇਹ ਅਕੈਡਮੀ ਹੈ ਜੀ ਬਹਾਦਰਗੜ੍ਹ ਜੀ। ਹਾਂਜੀ, ਇਹ ਛੋਟੇ ਛੋਟੇ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? LKG। ਅੰਗਰੇਜ਼ੀ ਪੜ੍ਹਦੇ ਹੋ? ਕਿੰਨੀ ਉਮਰ ਆ? ਕਿੰਨੇ ਈਅਰ ਦੇ ਹੋ? 4 ਸਾਲ ਦਾ। 4 ਸਾਲ ਦੇ। ਤਾਂ ਇਹ ਛੋਟੇ ਛੋਟੇ ਬੱਚੇ ਨੇ, ਤੁਹਾਡੇ ਨਾਲ ਆਏ ਨੇ ਜੀ ਇਹ? ਹਾਂਜੀ ਹਾਂਜੀ। ਇਹਨਾਂ ਨੂੰ ਜਦੋਂ ਤੁਸੀਂ ਸਜਾਇਆ ਇਸ ਤਰ੍ਹਾਂ ਦਮਾਲੇ ਸਜਾਏ ਗਏ, ਜੋੜਿਆ ਸਾਹਿਬ ਪਾਏ ਗਏ, ਤਾਂ ਅੱਜ ਦੀਆਂ ਇਹ ਤਸਵੀਰਾਂ ਬਹੁਤ ਜਿਹੜੀਆਂ ਕਿ ਖਿੱਚ ਦਾ ਕੇਂਦਰ ਬਣੀਆਂ ਨੇ ਸੰਗਤਾਂ ਦੀਆਂ। ਦਿਲ ਦੇ ਵਿੱਚ ਕੀ ਆ ਰਿਹਾ ਸੀ ਉਦੋਂ? ਅੱਖਾਂ ਦੇ ਮੂਹਰੇ ਕੀ ਆ ਰਿਹਾ ਸੀ? ਹਾਂਜੀ, ਉਦੋਂ ਅੱਖਾਂ ਦੇ ਮੂਹਰੇ ਕੀ ਭਾਵਨਾਵਾਂ ਆ ਰਹੀਆਂ ਸੀ ਜਦੋਂ ਦਮਾਲੇ ਸਜਾ ਰਹੇ ਸੀ? ਜੋੜਾ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਆ। ਬਿਲਕੁਲ। ਤਾਂ ਇਹ ਤਸਵੀਰਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਪੁੱਤ? 5th 5th 'ਚ? ਹੈ 1st 7th 1st 4th 1st। ਅੱਛਾ, ਫਸਟ 'ਚ ਹੋ। ਕਿੰਨੀ ਉਮਰ ਆ? 8। ਅੱਛਾ, ਇਹ ਤੁਹਾਡੇ ਨਾਲ ਆਏ ਨੇ ਜੀ? ਜਦੋਂ ਇਹਨਾਂ ਨੂੰ ਸਜਾਇਆ, ਇਹਨਾਂ ਦੇ ਦਮਾਲੇ ਸਜਾਏ, ਚੋਲਾ ਸਾਹਿਬ ਪਾਏ ਗਏ, ਤਾਂ ਇੱਧਰ ਨੂੰ ਰਵਾਨਾ ਹੋਣਾ ਸੀ, ਤਾਂ ਮਨ ਦੇ ਵਿੱਚ ਭਾਵਨਾਵਾਂ ਕੀ ਉੱਠ ਰਹੀਆਂ ਸੀਗੀਆਂ? ਤੁਸੀਂ ਪ੍ਰਿੰਸੀਪਲ ਮੈਮ ਨਾਲ ਗੱਲ ਕਰ ਲਓ ਜੀ। ਪ੍ਰਿੰਸੀਪਲ ਮੈਂ ਹੈਗੇ ਹੋ। ਅੱਛਾ, ਬੱਚਿਆਂ ਦੇ ਮੰਮੀ ਨਾਲ ਗੱਲ ਕਰੀਏ? ਇਹਨਾਂ ਨਾਲ ਜੀ? ਜਦੋਂ ਇਹਨਾਂ ਨੂੰ ਤੁਸੀਂ ਇੱਧਰ ਸਜਾ ਕੇ ਲਿਆ ਰਹੇ ਸੀ, ਇਹਨਾਂ ਛੋਟੇ ਬੱਚਿਆਂ ਨੂੰ ਫਰਜ਼ੰਦਾਂ ਦੀ ਯਾਦ ਆ ਰਹੀ ਹੋਣੀ ਆ, ਸਾਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਜਿਹੜਾ ਕਿ ਉਹ ਮਨਾਇਆ ਜਾ ਰਿਹਾ, ਉਦੋਂ ਦਿਲ ਦੇ ਵਿੱਚ, ਮਨ ਦੇ ਵਿੱਚ ਕੀ ਆ ਰਿਹਾ ਸੀ ਜਾਂ ਅੱਖਾਂ ਦੇ ਸਾਹਮਣੇ ਕੀ ਆ ਰਿਹਾ ਸੀ? ਉਦੋਂ ਉਹੀ ਟਾਈਮ ਯਾਦ ਆਉਂਦਾ ਕਿ ਹਾਂ ਵੀ ਸਾਡੇ ਆਪਣੇ ਛੋਟੇ ਛੋਟੇ ਬੱਚੇ ਨੇ। ਮੇਰੀ ਗੁੜੀਆ 8 ਸਾਲ ਦੀ, ਮੈਂ ਉਸ ਟਾਈਮ ਵੀ ਜਦੋਂ ਇਹਨੂੰ ਤਿਆਰ ਕਰਦੀ ਤਾਂ ਮੈਂ ਇਹੀ ਸੋਚਦੀ ਹਾਂ ਕਿ ਉਹ ਮਾਤਾ ਗੁਜਰੀ ਨੇ ਕਿਵੇਂ ਤਿਆਰ ਕੀਤੇ ਹੋਣਗੇ, ਉਹ ਰਾਤ ਕਿਵੇਂ ਗੁਜ਼ਾਰੀ ਹੋਏਗੀ।
ਕਿਉਂਕਿ ਇੰਨੀ ਠੰਡ 'ਚ ਵੀ ਅਸੀਂ ਜਦੋਂ ਮੈਂ ਇਹਨੂੰ ਲੈ ਕੇ ਆਉਂਦੀ ਹਾਂ ਤਾਂ ਵੀ ਮੇਰੇ ਮਨ ਜਾਂਦਾ ਕਿ ਹਾਏ ਇੰਨੀ ਠੰਡ ਹੈ। ਤੇ ਫਿਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਜੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਜੋੜਦੇ ਰਹਾਂਗੇ, ਠੀਕ ਹੈ ਨਾ ਜੀ, ਤਾਂ ਹੀ ਅਸੀਂ ਉਹਨਾਂ ਦੇ ਸਦਕਾ ਅੱਜ ਅਸੀਂ ਜਾਣੇ ਪਛਾਣੇ ਜਾਂਦੇ ਹਾਂ। ਤੇ ਇਹਦਾ ਅਸੀਂ ਸਿਜਦਾ ਕਰਨ ਆਉਂਦੇ ਹਾਂ, ਇਸੇ ਕਰਕੇ ਅਸੀਂ ਇਹਨਾਂ ਨੂੰ ਤਿਆਰ ਕਰਦੇ ਹਾਂ ਉਨੇ ਹੀ ਚਾਵਾਂ ਤੇ ਉਨੇ ਹੀ ਪਿਆਰ ਨਾਲ। ਪੂਰਾ ਸਾਲ ਅਸੀਂ ਇਸ ਦਿਨ ਦਾ ਇੰਤਜ਼ਾਰ ਕਰਦੇ ਹਾਂ। ਸਾਰੇ ਸਕੂਲਾਂ 'ਚ ਛੁੱਟੀਆਂ ਹੁੰਦੀਆਂ, ਸਾਡੇ ਸਕੂਲ 'ਚ ਇਸ ਰਾਤ ਅਸੀਂ ਸਾਰੇ ਬੱਚਿਆਂ ਨੂੰ ਨਾਈਟ ਸਟੇ ਕਰਾਉਂਦੇ ਹਾਂ ਤੇ ਸਵੇਰੇ ਇੱਥੇ ਲਿਆ ਕੇ ਸਿਜਦਾ ਕਰਕੇ ਫਿਰ ਛੁੱਟੀਆਂ ਕਰਾਂਗੇ। ਹੁਣ ਅਸੀਂ ਤਾਂ ਇਹ ਤਸਵੀਰਾਂ ਦੇਖ ਕੇ ਥੋੜਾ ਜਿਹਾ ਮਨ ਹੈ ਜਿਹੜਾ ਉਹ ਭਾਵੁਕ ਹੋਇਆ। ਤਾਂ ਅਸੀਂ ਤੁਹਾਡੇ ਨਾਲ ਕਾਫੀ ਕੁਛ ਜਿਹੜਾ ਕਿ ਸਾਂਝਾ ਕਰ ਰਹੇ ਹਾਂ। ਸੂਰਮਾ ਤੁਸੀਂ ਦੇਖ ਸਕਦੇ ਹੋ। ਤਾਂ ਪੁਰਜਾ ਪੁਰਜਾ ਕੱਟ ਮਾਰੈ ਕਬੂ ਨਾ ਛਾੜੈ ਖੇਤ। ਇਹ ਵੀ ਗੁਰਬਾਣੀ ਦੀਆਂ ਤੁਕਾਂ ਨੇ। ਤਾਂ ਅਸੀਂ ਤੁਹਾਡੇ ਨਾਲ ਅੱਜ ਇਹ ਤਸਵੀਰ ਪੂਰੇ ਜਾਹੋ ਜਲਾਲ ਦੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਅੱਜ ਦੇ ਦਿਨ ਇੱਥੇ ਅਰਦਾਸਾਂ ਹੋ ਰਹੀਆਂ ਨੇ, ਭੋਗ ਨੇ ਜਿਹੜੇ ਉਹ ਪਾਏ ਜਾ ਰਹੇ ਨੇ। ਤਾਂ ਪੂਰੇ ਪੰਜਾਬ ਕੀ ਪੂਰੀ ਦੁਨੀਆ ਚੋਂ ਇਸ ਜਗ੍ਹਾ ਤੇ ਸੰਗਤ ਪਹੁੰਚੀ ਆ। ਇਸ ਜਗ੍ਹਾ ਦੀਆਂ ਤਸਵੀਰਾਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਛੋਟੇ ਫਰਜ਼ੰਦਾਂ ਨੇ ਸਿੱਖੀ ਦੀਆਂ ਨੀਹਾਂ ਪੱਕੀਆਂ ਕਰਤੀਆਂ ਸੀ। ਜਦੋਂ ਕੰਧ ਗੋਡਿਆਂ ਤੱਕ ਪਹੁੰਚਦੀ ਆ ਤਾਂ ਜ਼ਾਲਮ ਹਕੂਮਤ ਦੇ ਵੱਲੋਂ ਕਿਹਾ ਜਾਂਦਾ ਕਿ ਇੱਟ ਨਹੀਂ ਉੱਥੋਂ ਕੱਢਣੀ, ਉੱਥੋਂ ਕੋਈ ਮੋਗਾ ਨਹੀਂ ਰੱਖਣਾ, ਉੱਥੋਂ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਚੱਪਣੀਆਂ ਨੇ ਉਹਨਾਂ ਨੂੰ ਲਾਹ ਦਿੱਤਾ ਜਾਂਦਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਨਗਾਰੇ ਵੱਜਦੇ ਦਿਖਾ ਦੇ ਇੱਕ ਵਾਰ। ਇਹ ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਨਗਾਰੇ। ਇਹ ਜੁਗਾਂ ਜੁਗਾਂ ਤੱਕ ਗੂੰਜਦੇ ਰਹਿਣੇ ਆ। ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਅੱਜ ਮੰਤਮੀ ਬਿਗਲ ਵਜਾਉਣ ਵਾਲੇ ਨਗਾਰਿਆਂ ਨੂੰ ਜ਼ਰੂਰ ਸੁਣ ਲੈਣ। ਜੇਕਰ ਆਵਾਜ਼ ਨਹੀਂ ਸੁਣਦੀ ਤਾਂ ਅਸੀਂ ਸੁਣਾਉਣ ਦੀ ਕੋਸ਼ਿਸ਼ ਕਰ ਦਿੰਦੇ ਹਾਂ। ਨਗਾਰਿਆਂ ਦੀ ਆਵਾਜ਼ ਆ।
ਜਿਹੜੇ ਕਹਿੰਦੇ ਸੀ ਕਿ ਮੰਤਵੀ ਬਿਗਲ ਵੱਜਣੇ ਆ, ਮੰਤਵੀ ਬਿਗਲ ਵਜਾਏ ਜਾਣਗੇ, ਅੱਜ ਅਸੀਂ ਉਹ ਨਗਾਰਿਆਂ ਦੀ ਆਵਾਜ਼ ਜਿਹੜੀ ਕਿ ਸੁਣਾ ਦਿੱਤੀ ਆ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸਮਝ ਆ ਜਾਵੇ ਕਿ ਗਾਂ ਨੂੰ ਇਹ ਜਿਹੇ ਬਿਆਨ ਨਾ ਦਿੱਤੇ ਜਾਣ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਕੁਝ ਜਿਹੜਾ ਕਿ ਜ਼ਾਹਰ ਹੋਣ ਵਾਲਾ, ਉਜਾਗਰ ਹੋਣ ਵਾਲਾ, ਜੋ ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਮਿੰਟ ਆ ਜਾਣਾ। ਵੀ ਕੀਤੇ ਗਏ, ਕਿਹਾ ਵੀ ਗਿਆ ਕਿ ਮੰਤਵੀ ਬਿਗਲ ਵਜਾਏ ਜਾਣੇ ਨੇ। ਅੱਜ ਇਸ ਜਗ੍ਹਾ ਤੇ ਜੋ ਜਾਹੋ ਜਲਾਲ ਸੰਗਤ ਦਾ ਦੇਖਣ ਨੂੰ ਮਿਲ ਰਿਹਾ, ਉਸ ਨੂੰ ਕੀ ਮਹਿਸੂਸ ਕੀ ਕਰ ਰਹੇ ਹੋ, ਜੋ ਚੜ੍ਹਦੀ ਕਲਾ ਦਾ ਅੱਜ ਇੱਕ ਪ੍ਰਤੀਕ ਆ? ਦੇਖੋ, ਜਿਹੜਾ ਮਾਤਮ ਹੈ ਉਹ ਮੌਤ ਦਾ ਹੁੰਦਾ, ਸ਼ਹਾਦਤ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਸ਼ਰਧਾ ਸਤਿਕਾਰ ਦੇਣਾ ਛੋਟੇ ਸਾਹਿਬਜ਼ਾਦਿਆਂ ਨੂੰ ਹੋਰ ਗੱਲ ਹੈ, ਲੇਕਿਨ ਜਿਹੜਾ ਖਾਲਸਾ ਹੈ ਸ਼ਹਾਦਤ ਤੇ ਚੜ੍ਹਦੀ ਕਲਾ 'ਚ ਹੁੰਦਾ, ਮਾਤਮ ਨਹੀਂ ਹੁੰਦਾ। ਜਿਹੜੇ ਛੋਟੇ ਸਾਹਿਬਜ਼ਾਦੇ ਆ, ਜਿੱਥੇ ਮੁਗਲ ਹਕੂਮਤ ਨੇ ਜਿਹੜੇ ਕਹਿਰ ਤੇ ਜ਼ੁਲਮ ਦੇ ਹੱਦਾਂ ਬੰਨੇ ਟੱਪਤੇ, ਉੱਥੇ ਛੋਟੇ ਸਾਹਿਬਜ਼ਾਦਿਆਂ ਨੇ ਨਿਰਭੈਤਾ ਤੇ ਸੂਰਬੀਰਤਾ ਉਹਦੀ ਚੋਟੀ ਤੇ ਪਹੁੰਚ ਗਏ, ਉਹਦੇ ਸਿਖਰ ਤੇ ਪਹੁੰਚ ਗਏ। ਇਸ ਕਰਕੇ ਇਹ ਜਿਹੜਾ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅਸੀਂ ਜਿਹੜਾ ਹੈ ਦੇਖੋ, ਜਿਹੜੇ ਹੈ ਸ਼ਹਾਦਤਾਂ ਨੂੰ ਜਿਹੜਾ ਪ੍ਰਣਾਮ ਕੀਤਾ ਜਾਂਦਾ ਹੈ, ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ, ਉਹ ਜਕਾਰਿਆਂ ਤੇ ਨਗਾਰਿਆਂ ਦੀ ਗੂੰਜ ਨਾਲ ਕੀਤਾ ਜਾਂਦਾ ਹੈ। ਚਲੋ ਅੱਛੀ ਗੱਲ ਹੈ ਕਿ ਉਹਨਾਂ ਨੇ ਇਹ ਵਾਪਸ ਲੈ ਲਿਆ, ਪਰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸਿੱਖ ਇਤਿਹਾਸ ਕੀ ਹੈ, ਸਿੱਖ ਪਰੰਪਰਾਵਾਂ ਕੀ ਨੇ। ਤੇ ਜਿਹੜਾ ਹੈ ਸ਼ਹਾਦਤ ਇੱਕ ਬਹੁਤ ਉਚਾਈ ਤੇ ਮੰਨੀ ਗਈ ਹੈ ਸਿੱਖ ਧਰਮ ਦੇ ਵਿੱਚ, ਸਾਰੀ ਮਨੁੱਖਤਾ ਦੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਸੀ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮਿਲੇ ਸੀ। ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਨਾਲ ਪਹਿਲਾਂ ਹੀ ਕਿਹਾ ਸੀ ਕਿ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਹੂਬਹੂ ਉਹ ਤਸਵੀਰ ਸਾਹਮਣੇ ਆ ਰਹੀ ਆ ਕਿ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਮਾਈਆਂ ਭੈਣਾਂ ਲੜਦੀਆਂ ਹੁੰਦੀਆਂ ਸੀ, ਤਾਂ ਇਹ ਬਹੁਤ ਜ਼ਰੂਰੀ ਆ ਹਰ ਇੱਕ ਦੇ ਲਈ। ਗੱਤਕਾ ਜਿਹੜਾ ਸਿੱਖਣਾ ਬਹੁਤ ਜ਼ਰੂਰੀ ਆ। ਜਿਵੇਂ ਅੱਜ ਮਾਰਸ਼ਲ ਆਰਟ ਕਹਿ ਰਹੇ ਨੇ ਕਿ ਉਹ ਸਿੱਖਣਾ ਜ਼ਰੂਰੀ ਆ, ਤਾਂ ਇਹ ਵੀ ਬਹੁਤ ਜ਼ਰੂਰੀ ਆ। ਲਾਹੀ ਬਾਣੀ ਦਾ ਜਿਹੜਾ ਪ੍ਰਤੀਕ ਆ, ਲਾਹੀ ਬਾਣੀ ਜਿਹੜੀ ਕਿ ਸ਼ਕਤੀ ਦਿੰਦੀ ਆ, ਬਿਰਧ ਭਰਦੀ ਆ। ਤੇ ਕਿੰਨੇ ਸੋਹਣੇ ਲੱਗਦੇ ਨੇ, ਸਿਰਾਂ ਤੇ ਦਸਤਾਰਾਂ ਦਮਾਲੇ ਸਜੇ ਨੇ ਤੇ ਆਪਣੇ ਪੁਰਾਤਨ ਇਤਿਹਾਸ ਦੇ ਨਾਲ ਜੁੜੇ ਹੋਏ ਨੇ।
ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਤੋਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਇਹ ਤਸਵੀਰਾਂ ਤੁਹਾਨੂੰ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਦਿਖਾਵਾਂਗੇ। ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੋਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੂੰ ਅੱਜ ਮਨਾਇਆ ਜਾ ਰਿਹਾ। ਸੰਗਤਾਂ ਕਾਫੀ ਜਿਹੜੀਆਂ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਅੱਜ ਲਾਸਟ ਦਿਨ ਆ ਜਿਹੜਾ ਕਿ ਇੱਥੇ ਸਭਾ ਦਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਸਭਾ ਗੀ ਸ਼ਹੀਦੀ ਸਭਾ ਗੀ, ਜਿਸ ਸਭਾ ਦੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੀ ਹਾਲ ਹੈ ਜੀ, ਕਿਵੇਂ ਹੋ? ਠੀਕ ਹੋ? ਕਿਵੇਂ ਰਿਹਾ ਅੱਜ ਦਾ ਜੋ ਸਮਾਗਮ ਸ਼ਹੀਦੀ ਸਮਾਗਮ ਸੀਗਾ, ਉਸ ਨੂੰ ਦੇਖਦੇ ਹੋ? ਇੱਥੇ ਆਈ ਵਾਰ ਮਿਲਦੇ ਆਂਗੇ ਤੇ ਸੋਗ ਵੀ ਆ ਤੇ ਚੜ੍ਹਦੀ ਕਲਾ ਦੇ ਜੈਕਾਰੇ ਵੀ ਗੂੰਜਦੇ ਆ। ਇਹਨਾਂ ਦਿਨਾਂ ਦੇ ਵਿੱਚ ਆਪਾਂ ਕੋਈ ਜ਼ਿਆਦਾ ਕੁਝ ਬੋਲ ਨਹੀਂ ਸਕਦੇ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਨੇ ਤੇ ਸਾਰੀਆਂ ਸੰਗਤਾਂ ਵਿਰਾਗਮਈ ਢੰਗ ਦੇ ਵਿੱਚ ਇੱਥੇ ਨਤਮਸਤਕ ਹੋ ਰਹੀਆਂ ਨੇ ਤੇ ਜੈਕਾਰੇ ਗੂੰਜ ਰਹੇ ਨੇ ਸਤਿਗੁਰਾਂ ਦੀ ਕਿਰਪਾ ਦੇ ਗੈਲ। ਤੁਸੀਂ ਆ ਦੇਖਦੇ ਹੋ ਵੀ ਨਗਰ ਕੀਰਤਨ ਕੱਢੇ ਜਾ ਰਹੇ ਨੇ। ਪਾਲਕੀ ਸਾਹਿਬ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚ ਜਾਵੇਗਾ। ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਜਿਵੇਂ ਬਾਈ ਨੇ ਦੱਸਿਆ ਕਿ ਅਸੀਂ ਜ਼ਿਆਦਾ ਬੋਲ ਨਹੀਂ ਸਕਦੇ ਹੁੰਦੇ ਕਿਉਂਕਿ ਚੜ੍ਹਦੀ ਕਲਾ ਦੇ ਜੈਕਾਰੇ ਜ਼ਰੂਰ ਗੂੰਜਣਗੇ। ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਜ਼ਰੂਰ ਲੱਗਣਗੇ। ਪਿੱਛੇ ਜੇ ਗੱਲਾਂ ਚੱਲੀਆਂ ਕਿ ਇੱਥੇ ਮੰਤਵੀ ਬਿਗਲ ਵਜਾਏ ਜਾਣ, ਅੱਜ ਜਿਨ੍ਹਾਂ ਨੇ ਉਹ ਟਵੀਟ ਕਰੇ, ਜਿਨ੍ਹਾਂ ਨੇ ਉਹ ਕਈਆਂ ਗੱਲਾਂ ਜਾਂ ਜਿਨ੍ਹਾਂ ਨੇ ਉਹ ਸ਼ੇਅਰਿੰਗ ਕਰੀਆਂ ਤਾਂ ਉਹ ਇਹ ਤਸਵੀਰ ਨੂੰ ਅੱਜ ਜ਼ਰੂਰ ਦੇਖਣ। ਇੱਥੇ ਅੱਜ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਣਗੇ। ਇੱਥੇ ਅੱਜ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਕਿ ਨਗਰ ਕੀਰਤਨ ਆ, ਇਹ ਦਰਸਾਉਂਦਾ, ਇਹ ਦੱਸਦਾ ਕਿ ਜਦੋਂ ਹਕੂਮਤ ਨੇ ਸਜ਼ਾ ਦੇਣ ਦੀ ਗੱਲ ਕੀਤੀ ਤਾਂ ਉਦੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ। ਉਦੋਂ ਛੋਟੇ ਸਾਹਿਬਜ਼ਾਦਿਆਂ ਦੇ ਵੱਲੋਂ ਵੱਡੇ ਜਿਹੜੇ ਕਿ ਸਾਕੇ ਸੀ ਉਹ ਕੀਤੇ ਗਏ। ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ ਇਸ ਧਰਤੀ ਤੇ। ਇਸ ਧਰਤੀ ਨੂੰ ਸਜਦਾ ਕਰੀਦਾ ਕਿ ਜਦੋਂ ਇੱਥੇ ਸੰਗਤ ਆਉਂਦੀ ਹੈ ਤਾਂ ਸੰਗਤ ਦੇ ਵੱਲੋਂ ਬਹੁਤ ਜੋਸ਼ ਦੇ ਨਾਲ, ਬਹੁਤ ਹੋਸ਼ ਦੇ ਨਾਲ ਜਿਹੜਾ ਕਿ ਇੱਥੇ ਆ ਕੇ ਮੱਥਾ ਟੇਕੀਦਾ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਦਾ। ਤਾਂ ਮੁਲਾਜ਼ਮ ਨੇ ਸਰ 3-4 ਦਿਨ ਹੋ ਗਿਆ ਲਗਾਤਾਰ ਡਿਊਟੀ ਆ। ਸੰਗਤ ਦਾ ਉਹਨਾਂ ਨਾਲ ਵੀ ਕਰ ਲਾਂਗੇ, ਤੁਸੀਂ ਵੀ ਤਾਂ ਮੁਲਾਜ਼ਮ ਸੇਵਾਦਾਰ ਹੋ। ਹਾਂ ਸੇਵਾਦਾਰ। ਤਾਂ ਅਸੀਂ ਇੱਧਰ ਵੀ ਚਲੋ ਇਹਨਾਂ ਦੀ ਮਜਬੂਰੀ ਹੁੰਦੀ ਆ। ਸਰ ਮਾਹੌਲ ਕਿਵੇਂ ਦਾ ਲੱਗ ਰਿਹਾ ਜਿਹੜਾ ਇੱਥੇ ਸ਼ਹੀਦੀ ਸਭਾ ਦਾ ਮਾਹੌਲ ਹੁੰਦਾ? ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਨੇ, ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ। ਵੇਖੋ ਜੀ, ਇਹ ਤੇ ਹੁਣ ਗੱਲ ਕਹਿਣ ਵਾਲੀ ਤੇ ਕਰਨ ਵਾਲੀ ਨਹੀਂ ਹੈ। ਜਿਹੜੇ ਇੱਥੋਂ ਦਾ ਇਤਿਹਾਸ ਹੈ ਉਹ ਤਾਂ ਹਰ ਸਿੱਖ ਨੂੰ ਪਤਾ ਹੈ। ਇਹ ਤੇ ਲੂੰ ਕੰਡੇ ਖੜੇ ਕਰਨ ਵਾਲਾ ਇਤਿਹਾਸ ਹੈ ਇੱਥੇ ਦਾ। ਆਪਣੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ 2 ਛੋਟੇ ਸਾਹਿਬਜ਼ਾਦੇ ਇੱਥੇ ਜਿਹੜੇ ਨੀਹਾਂ 'ਚ ਉਹ ਚੁਣੇ ਗਏ ਨੇ ਤੇ ਚਿਣ ਕੇ ਉਹ ਇੱਥੇ ਸ਼ਹੀਦ ਕੀਤੇ ਗਏ ਨੇ। ਉਸ ਮੌਕੇ ਦੀ ਸਰਕਾਰ ਵੱਲੋਂ ਮਾਹੌਲ ਤੇ ਹੁਣ ਲੋਕੀ ਇੱਥੇ ਜਿਹੜੀ ਵੀ ਸੰਗਤ ਆਉਂਦੀ ਆ ਬੜੀ ਸ਼ਰਧਾ ਦੇ ਨਾਲ ਆਪਣੇ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਆਉਂਦੀ ਹੈ। ਉਹਨਾਂ ਦੀਆਂ ਮਤਲਬ ਸਭਾ ਨੂੰ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਤੇ ਬੜਾ ਵਧੀਆ ਮਾਹੌਲ ਹੈ। ਲੰਗਰ ਗੁਰੂ ਮਹਾਰਾਜ ਦੇ ਪਾਤਸ਼ਾਹ ਸੰਗਤ ਨੇ ਲਾਏ ਹੋਏ ਆ ਤੇ ਬੜਾ ਵਧੀਆ ਮਾਹੌਲ ਹੈ, ਸੇਫ ਹੈ। ਕੋਈ ਦਿੱਕਤ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਜਿੱਦਾਂ ਤੁਹਾਡੀ ਡਿਊਟੀਆਂ ਲੱਗਦੀਆਂ ਨੇ, ਆਈ ਵਾਰ ਤੁਸੀਂ ਇੱਥੇ ਆਉਂਦੇ ਹੋ? ਕੋਈ ਅਜਿਹੀ ਸ਼ਰਾਰਤੀ ਅਨਸਰ ਵੀ ਕਈ ਵਾਰ ਵੜ ਜਾਂਦੇ ਨੇ ਅਜਿਹੇ ਇਕੱਠਾਂ ਦੇ ਵਿੱਚ ਜੀ ਜਦੋਂ ਇੱਥੇ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਜਿਹੜਾ ਕਿ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ? ਵੇਖੋ ਜੀ, ਇੱਕ ਚੀਜ਼ ਜਿਹੜੀ ਹੋ ਜਾਣੀ ਨਾ, ਇੱਕ ਪਾਸਾ ਪਲਟ ਜਾਣਾ, ਉਹ ਤਾਂ ਯੁੱਗ ਪਲਟਣ ਦੇ ਪ੍ਰਤੀਕ ਹੁੰਦਾ। ਜੇ ਇੱਥੇ ਮੰਨ ਲਓ ਦੁਨੀਆ ਤੇ ਇੱਕ ਬੰਦਾ ਵੀ ਕਿਸੇ ਦੂਜੇ ਕਿਸਮ ਦਾ ਹੈਗਾ ਤੇ ਉਹ ਮਤਲਬ ਹੁੰਦਾ ਵਾ। ਜੇ ਮੰਨ ਲਓ ਸਾਰੇ ਸੰਤੀ ਬਣ ਗਏ ਇੱਥੇ ਤੇ ਯੁੱਗ ਪਲਟੀ ਹੋ ਜਾਣਾ। ਜੇ ਸਾਰੇ ਚੋਰ ਬਣ ਗਏ ਤਾਂ ਵੀ ਯੁੱਗ ਪਲਟੀ ਹੋ ਜਾਣਾ। ਹਰ ਤਰ੍ਹਾਂ ਦੀ ਦੁਨੀਆ ਇੱਥੇ ਆਉਂਦੀ ਹੈ, ਠੀਕ ਨਹੀਂ? ਚੋਰ ਵੀ ਆਸਤਾ ਲੈ ਕੇ ਆਉਂਦਾ ਵੀ ਮੈਨੂੰ ਇੱਥੇ ਕੋਈ ਨਾ ਕੋਈ ਮਿਲ ਜੂਗਾ। ਹਰ ਬੰਦੇ ਦੀ ਆਸਤਾ ਹੁੰਦੀ ਆਪਣੀ ਆਪਣੀ, ਉਸ ਹਿਸਾਬ ਨਾਲ ਹਰ ਬੰਦਾ ਇੱਥੇ ਆਉਂਦਾ, ਲੈਣ ਵਾਸਤੇ ਆਉਂਦਾ। ਜੋ ਆਉਂਦਾ ਇੱਥੇ ਕੋਈ ਲੈਣ ਵਾਸਤੇ ਆਉਂਦਾ, ਦੇਣ ਵਾਸਤੇ ਕੋਈ ਕਿਸੇ ਨੂੰ ਨਹੀਂ ਆਉਂਦਾ। ਓਕੇ, ਥੈਂਕ ਯੂ। ਤਾਂ ਇੱਥੇ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਲੱਗੀ ਆ ਪਿਛਲੇ 3-4 ਦਿਨਾਂ ਤੋਂ ਇੱਥੇ ਨੇ। ਜਦੋਂ ਸ਼ਹੀਦੀ ਸਭਾ ਦੇ ਦਿਨ ਨੇੜੇ ਆਉਂਦੇ ਨੇ ਤਾਂ ਉਦੋਂ ਸੰਗਤਾਂ ਦੇ ਵਿੱਚ ਇੱਕ ਜਿਹੜਾ ਚਾਅ ਆ ਉਹ ਹੁੰਦਾ ਗਾ ਕਿ ਅੱਜ ਦੇ ਦਿਨ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੀ। ਤਾਂ ਇਹ ਵੀ ਇੱਕ ਇਤਿਹਾਸ ਦਾ ਹੀ ਅੰਗ ਆ ਜਿਹੜਾ ਕਿ ਗੱਤਕਾ ਖੇਡਿਆ ਜਾਂਦਾ। ਇਹ ਵੀ ਇੱਕ ਇਤਿਹਾਸ ਦਾ ਇੱਥੇ ਸੰਗਤ ਆ ਜਿਹੜੀ ਉਹ ਖੜੀ ਹੋਈ ਆ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇਹ ਤਸਵੀਰਾਂ
ਤੁਹਾਨੂੰ ਦਿਖਾਈਆਂ ਜਾਣ। ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜਿਹੜਾ ਕਿ ਸਾਹਮਣੇ ਆਵੇਗਾ। ਅਸੀਂ ਤੁਹਾਡੇ ਨਾਲ ਇੱਥੋਂ ਦੀਆਂ ਜਿਹੜੀਆਂ ਕਿ ਤਸਵੀਰਾਂ ਅੱਜ ਸਾਂਝੀਆਂ ਕਰਾਂਗੇ। ਸ਼ਹੀਦੀ ਸਭਾ ਦੀਆਂ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਕਿਸ ਤਰ੍ਹਾਂ ਜਿਹੜੀਆਂ ਕਿ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਜਿਹੜਾ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾ ਰਹੇ ਨੇ। ਨਿਹੰਗ ਸਿੰਘ ਫੌਜਾਂ ਦੇ ਵੱਲੋਂ ਜਿਹੜੀ ਕਿ ਆਪਣੀ ਕਲਾ ਗੀ ਉਹ ਇੱਥੇ ਦਰਸਾਈ ਜਾਂਦੀ ਆ, ਵਰਤਾਈ ਜਾਂਦੀ ਆ। ਤਾਂ ਇਹ ਗੁਰੂ ਦੀ ਕਲਾ ਗੀ ਇਸ ਧਰਤੀ ਦੇ ਉੱਪਰ ਜਿਹੜੀ ਕਿ ਅਕਾਲ ਪੁਰਖ ਦੀ ਕਲਾ ਵਰਤਦੀ ਆ। ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ ਇਹ ਦਿਨ। ਜਦੋਂ ਕਿਹਾ ਗਿਆ ਕਿ ਇੱਕ ਮੰਤਵੀ ਬਿਗਲ ਵੱਜੂਗਾ ਤਾਂ ਫਿਰ ਸੰਗਤਾਂ ਨੇ ਦੱਸਿਆ ਕਿ ਮੰਤਵੀ ਬਿਗਲ ਨਹੀਂ ਹੁੰਦੇ, ਨਗਾਰੇ ਵੱਜਦੇ ਹੁੰਦੇ ਨੇ। ਚੜ੍ਹਦੀ ਕਲਾ ਦਾ ਪ੍ਰਤੀਕ ਸੀ ਉਦੋਂ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜੇ ਸੀ। ਉਦੋਂ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਭਾਣਾ ਮੰਨਿਆ ਸੀ। ਇਹ ਕਾਫੀ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਮੰਤਵੀ ਬਿਗਲ ਵੱਜਣਗੇ, ਇਹ ਹੋਊਗਾ ਉਹ ਹੋਊਗਾ, ਪਰ ਇਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਜੀ। ਇਹ ਤਾਂ ਸ਼ੁਰੂ ਤੋਂ ਹੀ ਨੇ ਸਿੱਖ ਪੰਥ ਜੂਝਦਾ ਹੋਇਆ। ਸਿੱਖ ਪੰਥ ਜੂਝਣ ਕਰਕੇ ਖਾਲਸਾ ਜਕਾਰੇ ਚੱਲਦੇ ਨੇ, ਬਿਗਲ ਨਹੀਂ ਚੱਲਦੇ ਉਰੇ। ਖਾਲਸਾ ਦਾ ਬੋਲ ਵਾਲਾ ਹੁੰਦਾ, ਖਾਲਸੇ ਜਕਾਰੇ ਲੱਗਦੇ ਨੇ। ਕਿ ਇਹ ਮਾਹੌਲ ਨੂੰ ਜਦੋਂ ਦੇਖਦੇ ਹੋ ਮਨ ਨੂੰ ਇੱਕ ਰੁੱਗ ਵੀ ਭਰਿਆ ਜਾਂਦਾ, ਅੰਦਰੋਂ ਹੌਂਕਾ ਵੀ ਆਉਂਦਾ। ਚੜ੍ਹਦੀ ਕਲਾ ਇਹ ਸਾਡੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਛੋਟੀਆਂ ਜਿੰਦਾਂ ਵੱਡਾ ਸਾਕਾ। ਜਦੋਂ ਆਪਣੀ ਦੇਖੋ ਜਿੰਦ ਕੁਛ ਨਹੀਂ ਹੁੰਦੀ ਬੰਦੇ ਦੀ, ਜਿਹੜਾ ਅੰਦਰ ਹੈ, ਅੰਦਰ ਦੀ ਆਤਮਾ ਹੈ ਜਾਂ ਸਾਡੀ ਅੰਦਰ ਉਹਨਾਂ ਦੀ ਕੀ ਸਾਹਿਬਜ਼ਾਦਿਆਂ ਦੀ ਆਤਮਾ ਮਾਰਨੀ ਚਾਹੁੰਦੇ ਸੀਗੇ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾਂਦੇ ਨੇ। ਇੱਧਰ ਤਸਵੀਰ ਦਿਖਾ। ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਰਹੇ ਕਿ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ। ਤਾਂ ਦੇਖ ਰਹੇ ਹੋ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਵਾਰੀ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ। ਕਿੰਨੀ ਉਮਰ ਆ ਬਜ਼ੁਰਗੋ ਤੁਹਾਡੀ? 65 ਤੋਂ ਉੱਪਰ ਆ ਜੀ। 65 ਤੋਂ ਉੱਪਰ। ਹਾਂਜੀ। ਬਾਬਾ ਦੀਪ ਸਿੰਘ ਦੀ ਯਾਦ ਦਿਵਾਤੀ ਆ ਜਦੋਂ ਬਾਬਾ ਦੀਪ ਸਿੰਘ ਨੇ ਖੰਡੇ ਦੀ ਗੱਲ ਕੀਤੀ, ਕਿਹਾ ਕਿ ਜਿਹੜੇ ਨੂੰ ਜਾਣ ਪਿਆਰੀ ਆ ਉਹ ਇਸ ਲਕੀਰ ਤੋਂ ਪਿੱਛੇ ਮੁੜ ਜਾਓ, ਜਿਨ੍ਹਾਂ ਨੂੰ ਗੁਰੂ ਪਿਆਰਾ ਉਹ ਅੱਗੇ ਆ ਜਾਓ। ਸਹੀ ਹੈ ਜੀ। ਅੱਜ ਜਦੋਂ ਤੁਸੀਂ ਗੱਤਕਾ ਖੇਡ ਰਹੇ ਸੀ ਤਾਂ ਉਹ ਯਾਦ ਆ ਗਈ, ਉਹ ਕਥਾ ਜਿਹੜੀ ਉਹ ਕਹਾਣੀ ਇਹ ਜਦਾ ਹੀ ਯਾਦ ਆ ਸਿੰਘਾਂ ਨੂੰ। ਸਿੰਘਾਂ ਦੇ ਹਿਰਦੇ ਵਿੱਚ ਜਿੰਨੇ ਗੱਤਕੇ ਸਭ ਦੇ ਹਿਰਦੇ ਤੋਂ ਬਾਹਰ ਕਿਤੇ ਨਹੀਂ ਗਏ। ਮਹਾਰਾਜ ਨਾਲ ਹੀ ਨੇ। ਦੇਖ ਸਕਦੇ ਹੋ ਕਿ ਜੀ ਬਈ ਜਿਨ੍ਹਾਂ ਜਨਮ ਲਿਆ ਖੰਡੇ ਦੀ ਧਾਰ ਵਿੱਚੋਂ, ਉਹਨਾਂ ਸਿੰਘਾਂ ਨੇ ਪੁੱਤ ਸਰਦਾਰ ਜੰਮਣੇ। ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਕਈ ਅਜੀਤ ਜੰਮਣੇ, ਕਈ ਜੁਝਾਰ ਜੰਮਣੇ। ਸਿੱਖ ਕੌਮ ਨਾ ਕਿਸੇ ਦੀ ਈਨ ਮੰਨੇ, ਇਹਨਾਂ ਪੰਡ ਗੁਲਾਮੀ ਦੀ ਚੁੱਕਣੀ ਨਹੀਂ। ਇਹਨਾਂ ਨੂੰ ਮਾਰਦਿਆਂ ਮੁੱਕ ਗਈ ਕੁੱਲ ਦੁਨੀਆ, ਇਹ ਕਿਸੇ ਦੇ ਮਾਰਿਆ ਮੁੱਕਣੀ ਨਹੀਂ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹੀ ਇੱਕ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਹ ਜੋ ਗੱਤਕਾ ਖੇਡਿਆ ਜਾਂਦਾ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਸ ਨੂੰ ਦੇਖ ਕੇ
ਇਹ ਕਿਹਾ ਜਾਂਦਾ ਕਿ ਜਿਸ ਦੀ ਰਗਾਂ ਦੇ ਵਿੱਚ ਖੂਨ ਖੋਲਣ ਲੱਗ ਜਾਂਦਾ। ਤੁਸੀਂ ਦੇਖ ਸਕਦੇ ਹੋ ਇੱਥੇ ਪੁਰਾਤਨ ਸ਼ਾਸਤਰ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇੱਥੇ ਸ਼ਾਸਤਰ ਨੇ ਉਹ ਵੀ ਨਾਲ-ਨਾਲ ਦਿਖਾਏ ਜਾਂਦੇ ਨੇ, ਨਾਲ-ਨਾਲ ਉਹਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਆ। ਤਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਆਉਂਦੀਆਂ ਨੇ ਤੁਕਾਂ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕੋਈ ਕਿਸੇ ਕੋ ਰਾਜ ਨਾ ਦੇਹੋ, ਜੋ ਲੇਹੋ ਨਿਜ ਵੱਲ ਸੇ ਲੇਹੋ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਜੋ ਭਾਰੀ ਇਕੱਠ ਆ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ। ਤਾਂ ਅੱਗੇ ਪਿਛਲੇ ਪਾਸੇ ਬਹੁਤ ਸਾਰੀ ਜਿਹੜੀ ਕਿ ਸੰਗਤ ਆ ਉਹ ਚੱਲਦੀ ਅੱਗੇ ਜਾ ਰਹੀ ਆ। ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ। ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ। ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਆ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਚਿਣ ਰਹੇ ਨੇ ਜਿਹੜੇ ਜਲਾਦ ਨੇ, ਉਹ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣ ਰਹੇ ਨੇ। ਤਾਂ ਇਹ ਤਸਵੀਰ ਬਹੁਤ ਕੁਝ ਆ ਜਿਹੜਾ ਕਿ ਬਿਆਨ ਕਰਦੀ ਆ। ਤਾਂ ਇਸ ਦੇ ਉੱਪਰ ਗੁਰਬਾਣੀ ਦੀਆਂ ਤੁਕਾਂ ਜੋ ਲਿਖੀਆਂ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਗਲੀ ਮੇਰੀ ਆਓ, ਇਕ ਮਾਰਗ ਪੈਰ ਧਰੀ ਜੇ, ਸਿਰ ਦੀਜੇ ਕਾਜ ਨਾ ਕੀਜੇ। ਤਾਂ ਇਹ ਤਸਵੀਰਾਂ ਦੇ ਵਿੱਚ ਜੋ ਕੁਝ ਬਿਆਨ ਹੁੰਦਾ ਤਾਂ ਹੂਬਹੂ ਉਹ ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਬਿਲਕੁਲ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ ਜਦੋਂ ਇਹ ਦਿਨ ਚੱਲਦੇ ਨੇ। ਜਦੋਂ ਅਸੀਂ ਉਸ ਦਰਬਾਰ ਸਾਹਿਬ ਉਸ ਕੰਧ ਦੇ ਕੋਲ ਜਾਂਦੇ ਆ ਤਾਂ ਵਜੀਦੇ ਖਾਨ ਦੀਆਂ ਤਸਵੀਰਾਂ ਆਉਂਦੀਆਂ ਨੇ ਸਾਹਮਣੇ ਕਿ ਕਿਸ ਤਰ੍ਹਾਂ ਦੇ ਜ਼ਾਲਮ ਸੀ ਉਸ ਸਮੇਂ ਦੀ ਹਕੂਮਤ, ਕਿਸ ਤਰ੍ਹਾਂ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੇ ਚੜ੍ਹਦੀ ਕਲਾ ਦੇ ਜਕਾਰੇ ਛੱਡੇ ਸੀ। ਉਦੋਂ ਵੀ ਕਹਿੰਦੇ ਸੀ ਕਿ ਸੂਬਿਆ ਸਾਨੂੰ ਤੇਰੀ ਈਨ ਪਿਆਰੀ ਨਹੀਂ, ਸਾਨੂੰ ਗੁਰੂ ਪਿਆਰਾ ਤੇ ਸਾਨੂੰ ਕੌਮ ਪਿਆਰੀ ਆ। ਇਸ ਨੀਹਾਂ ਦੇ ਵਿੱਚ ਜਿਹੜੀ ਨੀਂਹ ਧਰ ਕੇ ਗਏ ਨੇ ਸਿੱਖੀ ਦੀ, ਤਾਂ ਉਹ ਸਦਾ ਤੱਕ ਜਿਹੜੀ ਕਿ ਉਮਰਾਂ ਤੱਕ ਰਹਿੰਦੀ, ਦੁਨੀਆ ਤੱਕ ਰਹਿਣੀ ਆ। ਇਹ ਤਸਵੀਰ ਨੂੰ ਦੇਖ ਕੇ ਕੀ ਆਉਂਦਾ ਮਨ ਦੇ ਵਿੱਚ? ਇਹ ਤਸਵੀਰਾਂ ਦੇਖ ਰਹੇ ਹੋ ਪਾਸੇ ਤੇ, ਇਹਨਾਂ ਨੂੰ ਦੇਖ ਕੇ ਕੀ ਅੱਖਾਂ ਦੇ ਮੂਹਰੇ ਕੀ ਆ ਰਿਹਾਗਾ, ਦਿਲ ਦੇ ਵਿੱਚ ਕੀ ਆ ਰਿਹਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਦੁੱਖ ਹੁੰਦਾ ਜੀ ਇਹਨਾਂ ਦੇ ਬੱਚਿਆਂ ਦੇ ਇੰਨਾ ਕਹਿਰ ਗੁਜ਼ਰਿਆ ਜੀ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀਆਂ ਕਿ ਅੱਜ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਕਿੰਨੀ ਉਮਰ ਆ ਤੁਹਾਡੀ? ਕਿਹੜੇ ਸਕੂਲ 'ਚ ਪੜ੍ਹਦੇ ਹੋ? ਸੇਂਟ ਇੰਡਨ ਗਾਰਡਨ। ਅੱਜ ਇੱਥੇ ਖਾਲਸੇ ਦੇ ਬੋਲਬਾਲੇ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਨਗਰ ਕੀਰਤਨ ਛੋਟੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ। ਯਾਦ ਆਉਂਦੀ ਆ ਛੋਟੇ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ? ਹਾਂਜੀ। ਕੀ ਨਾਮ ਕੀ ਆ ਤੁਹਾਡਾ? ਗੁਰਲੀਨ ਕੌਰ। ਗੁਰਲੀਨ ਕੌਰ। ਸਾਹਿਬਜ਼ਾਦਿਆਂ ਦੇ ਨਾਮ ਚਾਰਾਂ ਦੇ ਪਤਾ ਯਾਦ ਨੇ? ਬਾਬਾ ਜਰੋਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੁਰਾਰ ਸਿੰਘ ਜੀ। ਤਾਂ ਇਹ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਇਤਿਹਾਸ ਪੜ੍ਹਾਵਾਂਗੇ ਤਾਂ ਇਹਨਾਂ ਨੇ ਵੱਡੇ ਹੋ ਕੇ ਆਪਣੇ ਗਾਹਾਂ ਪੀੜ੍ਹੀਆਂ ਨੂੰ ਇਤਿਹਾਸ ਦੱਸਣਾ। ਇਹ ਇਤਿਹਾਸ ਆ ਜਿਹੜਾ ਕਿ ਜੁਗਾਂ ਤੱਕ ਚੱਲਦਾ ਰਹਿਣਾ। ਜੁਗੋ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦਕਾ, ਜਿਹੜੀ ਕਿ ਪ੍ਰੇਰਨਾ ਸਦਕਾ ਇਹ ਇਤਿਹਾਸ ਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜਿਹੜੇ ਬੱਚੇ ਨੇ ਇੱਥੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਉਹ ਪਹੁੰਚੇ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕਿ ਵੱਡੀ ਸੰਗਤ ਦਾ ਵੱਡਾ ਇਕੱਠ ਜਿਹੜਾ ਕਿ ਠਾਠਾਂ ਮਾਰਦਾ। ਬਾਬਾ ਜੀ ਕਿਵੇਂ ਅਸੀਂ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਕ ਇੱਥੇ ਬਰਾਗ ਮਨਾਈਏ ਜਾਂ ਚੜ੍ਹਦੀ ਕਲਾ ਦੇ ਜਕਾਰੇ ਛੱਡੀਏ? ਇਹ ਦੋਨਾਂ ਵਿੱਚ ਕੁਝ ਵੀ ਕਹਿ ਸਕਦੇ ਆ ਮਹਾਰਾਜ। ਇੱਕ ਬਰਾਗ ਦੇ ਵੀ ਜਕਾਰੇ ਬੱਲੇ ਜਾ ਸਕਦੇ ਨੇ ਤੇ ਖੁਸ਼ੀ ਦੇ ਵੀ ਜਕਾਰੇ ਜੀ। ਖੁਸ਼ੀ ਦੇ ਐਂਚਨ ਜੀ ਜੋ ਸ਼ਹੀਦੀ ਛੋਟੇ ਸਾਹਿਬਜ਼ਾਦੇ ਨੇ ਪਾਈ ਹੈ ਸਾਡੇ ਲਈ, ਉਹ ਕੋਈ ਨਹੀਂ ਜ਼ਿੰਦਗੀ 'ਚ ਪਾ ਸਕਦਾ ਮਹਾਰਾਜ। ਉਹ ਬਰਾਗ ਹਾਂਜੀ ਖੁਸ਼ੀ ਦੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਹਮੇਸ਼ਾ ਹੀ ਰਹੂਗੀ ਜੀ। ਮੰਤਮੀ ਬਿਗਲ ਵਜਾਉਣ ਦੀਆਂ ਗੱਲਾਂ ਹੋਈਆਂ, ਮੁੱਖ ਮੰਤਰੀ ਕਹਿੰਦੇ ਮੰਤਮੀ ਬਿਗਲ ਵਜਾਇਆ ਜਾਊਗਾ। ਮੰਤਮ ਤਾਂ ਨਹੀਂ ਮਨਾਇਆ ਕਦੇ? ਨਹੀਂ ਜੀ, ਨਹੀਂ ਖਾਲਸੇ ਨੇ ਕਦੇ ਨਹੀਂ ਮਨਾਇਆ ਜੀ।
ਚੜ੍ਹਦੀ ਕਲਾ 'ਚ ਰਿਹਾ ਤਾਂ ਚੜ੍ਹਦੀ ਕਲਾ 'ਚ ਹੀ ਰਹੇਗਾ ਜੀ। ਬਿਲਕੁਲ ਹਾਂਜੀ। ਤਾਂ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਜੋ ਇੱਥੇ ਸੰਗਤ ਅੱਜ ਪਹੁੰਚੀ ਆ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਇਸ ਧਰਤੀ ਤੇ ਲਿਆਂਦਾ ਗਿਆ, ਇਸ ਜਗ੍ਹਾ ਤੇ ਲਿਆਂਦਾ ਗਿਆ, ਤਾਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਬੜੀਆਂ ਜਿਹੜੀਆਂ ਕਿ ਕਹਾਣੀਆਂ, ਬੜਾ ਜਿਹੜਾ ਕਿ ਇਤਿਹਾਸ ਪਿਆ, ਜਿਸ ਨੂੰ ਫਰੋਲਦੇ ਆ ਤਾਂ ਬੜਾ ਕੁਝ ਜਿਹੜਾ ਕਿ ਨਿਕਲਦਾ ਵਾ। ਇਤਿਹਾਸ ਦੇ ਵਿੱਚੋਂ ਬਹੁਤ ਕੁਝ ਆ ਜਿਹੜਾ ਕਿ ਸਿੱਖਣਾ ਬਾਕੀ ਆ। ਜਦੋਂ ਇਤਿਹਾਸ ਨੂੰ ਅਸੀਂ ਫਰੋਲਦੇ ਹਾਂ ਤਾਂ ਇਤਿਹਾਸ ਦੇ ਵਿੱਚੋਂ ਬਹੁਤ ਕੁਝ ਅਜਿਹੇ ਤੱਥ ਸਾਹਮਣੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਜਾਂ ਜਿਨ੍ਹਾਂ ਨੂੰ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੜ੍ਹ ਕੇ ਇਹ ਲੱਗਦਾ ਕਿ ਇਸ ਕੌਮ ਦੇ ਸਿਰ ਸ਼ਾਇਦ ਇਹੀ ਕੁਝ ਲਿਖਿਆ। ਇਸ ਕੌਮ ਨੇ ਰਾਜ ਵੀ ਕੀਤਾ ਤੇ ਇਸ ਕੌਮ, ਤੁਸੀਂ ਦੇਖੋ ਕਿ ਜਵਾਨ ਨੇ ਬਈ ਇੱਥੇ ਸਵਾਗਤ ਦੇ ਲਈ ਖੜੇ ਹੋ। ਯਾਦ ਦੇ ਵਿੱਚ ਇੱਕ ਨਗਰ ਕੀਰਤਨ ਆ ਜਿਹੜਾ ਕਿ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਬਰਨਾਲਾ ਸ਼ਹਿਰ ਤੋਂ। ਬਰਨਾਲੇ ਤੋਂ? ਹਾਂ ਜੀ। ਮੇਰੇ ਵਾਲੀ ਸਾਈਡ ਤੋਂ ਆਏ ਹੋ। ਕਿਹੜਾ ਪਿੰਡ ਆ? ਧਨੌਲਾ। ਇਹ ਮੇਰੇ ਪਿੰਡਾਂ ਵੱਲ ਦੇ ਨੇ ਨੌਜਵਾਨ। ਮੇਰੇ ਪਿੰਡਾਂ ਵੱਲੋਂ ਬੜੀ ਸੰਗਤ ਆਉਂਦੀ ਆ, ਤੁਹਾਨੂੰ ਦੱਸ ਦਈਏ ਕਿ ਉਧਰਲੀ ਸਾਈਡ ਤੋਂ ਬੜੀ ਸੰਗਤ ਆਉਂਦੀ ਆ। ਟਰੈਕਟਰਾਂ ਤੇ ਆਏ ਹੋ? ਹਾਂਜੀ, ਟਰੈਕਟਰਾਂ ਤੇ। ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ? ਸਾਨੂੰ ਅਸੀਂ 24 ਤਰੀਕ ਦੇ ਆਏ ਆ ਜੀ। 24 ਤਰੀਕ ਦੇ। ਅੱਜ ਇੱਥੇ ਕੀ ਭਰਨ ਕਰਕੇ ਜਾਓਗੇ? ਜਿਵੇਂ ਨਾਈ ਦੀ ਦੁਕਾਨ ਤੇ ਜਾਂਦੇ ਹੋ, ਕੇਸ ਦਾੜੀ ਕਤਲ ਕਰਵਾਉਣੇ ਹੋ, ਨਹੀਂ ਕਰਵਾਉਂਦੇ? ਕੋਈ ਹੈ ਦਿਲ ਦੇ ਵਿੱਚ? ਨਹੀਂ ਨਹੀਂ, ਹਲੇ ਕੋਈ ਮਨ ਨਹੀਂ ਬਣਿਆ ਨਾ। ਜਦੋਂ ਬਾਬੇ ਨੇ ਚਾਹਿਆ ਕੋਈ ਨਹੀਂ, ਅੰਮ੍ਰਿਤ ਛਕ ਲਾਂਗੇ। ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਮਿਹਰ ਹੋਵੇ, ਵਾਹਿਗੁਰੂ ਇਹਨਾਂ ਤੇ ਮਿਹਰ ਕਰੇ। ਕਿ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਨਗਰ ਕੀਰਤਨ ਗੁਜ਼ਰ ਰਿਹਾ, ਇਹ ਤੁਹਾਡੇ ਨਾਲ ਨੇ ਨੌਜਵਾਨ। ਤੇ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ? ਹੋ ਗਏ 2 ਦਿਨ ਹੋ ਗਏ ਜੀ। 2 ਦਿਨ ਹੋ ਗਏ। ਇੱਥੇ ਸੇਵਾ ਕਰਨ ਆਉਣੇ ਹੋ? ਹਾਂ, ਸੇਵਾ ਕਰਨੀ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਹੜੀ ਕਿ ਸੰਗਤ ਆ ਇਸ ਜਗ੍ਹਾ ਤੇ ਪਹੁੰਚੀ ਆ। ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰੀਏ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਹ ਪੰਜ ਪਿਆਰਿਆਂ ਦੀ ਯਾਦ ਦਿਵਾ ਰਹੀਆਂ ਤਸਵੀਰਾਂ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਅੱਗੇ ਆਉਂਦਾ। ਤਾਂ ਅੱਜ ਕੋਸ਼ਿਸ਼ ਕਰਾਂਗੇ ਕਿ ਪੂਰੀ ਦੀ ਪੂਰੀ ਜਿਹੜੀ ਕਿ ਤਸਵੀਰ ਆ ਤੁਹਾਡੇ ਸਨਮੁਖ ਕਰੀ ਜਾਵੇ, ਤੁਹਾਡੇ ਰੂਬਰੂ ਕਰੀ ਜਾਵੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਜਿਹੜਾ ਕਿ ਸਾਹਮਣੇ ਆਵੇਗਾ, ਜਿਹੜਾ ਕਿ ਇਹ ਦੱਸੇਗਾ ਕਿ ਉਸ ਵਕਤ ਚੜ੍ਹਦੀ ਕਲਾ ਦੇ ਜਕਾਰੇ ਗੂੰਜੇ ਤੇ ਅੱਜ ਵੀ ਉਹ ਜਕਾਰੇ ਜਿਉਂ ਦੀ ਤਿਉਂ ਗੂੰਜ ਰਹੇ ਨੇ। ਕਿਹੜੇ ਥਾਂ ਤੋਂ ਆਏ ਹੋ ਤੁਸੀਂ? ਕਿਹੜੇ ਥਾਂ ਤੋਂ ਆਏ ਹੋ? ਅਸੀਂ ਬਸੀ ਪਠਾਣਾ ਤੋਂ ਜੀ। ਇਹ ਇੱਥੇ ਪਹੁੰਚੇ ਹੋ, ਕਿੱਦਾਂ ਦਾ ਮਹਿਸੂਸ ਕੀ ਹੋ ਰਿਹਾ ਇਸ ਜਗ੍ਹਾ ਨੂੰ ਦੇਖ ਕੇ? ਕੀ ਮਹਿਸੂਸ ਕੀ ਕਰਦੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਿੰਨੇ ਉਹ ਕੁਰਬਾਨੀ ਕੀਤੀ ਹੈ ਜਿਨ੍ਹਾਂ ਨੇ, ਵੀ ਉਹ ਕਿੰਨੇ ਮਹਾਨ ਸ਼ਹੀਦਾਂ ਨੇ। ਤਾਂ ਅੱਜ ਕਿੰਨੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣੇ ਆ ਉਹ ਦਿਨ। ਤਾਂ ਇਹ ਠੀਕ ਹੋ? ਇਹ ਠੀਕ ਹੋ? ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਇੱਥੋਂ ਜਿਹੜਾ ਕਿ ਪਿੱਛੇ ਚੱਲਦੇ ਹਾਂ। ਤਾਂ ਜਦੋਂ ਤਸਵੀਰ ਤੁਹਾਨੂੰ ਦਿਖਾਉਣੀ ਆ ਪਿਛਲੀ, ਤਾਂ ਬਹੁਤ ਕੁਝ ਜਿਹੜਾ ਕਿ ਸਾਹਮਣੇ ਆ ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਅਟੱਲ ਨੇ ਤੇ ਅਟੱਲ ਰਹਿਣੇ ਆ।
ਇਹਨਾਂ ਝੰਡਿਆਂ ਦੇ ਨਾਲ ਪ੍ਰਤੀਕ ਹੁੰਦਾ ਕਿ ਚੜ੍ਹਦੀ ਕਲਾ ਵਾਲਾ ਦਿਨ ਹੈ। ਅਸੀਂ ਤੁਹਾਨੂੰ ਇਹ ਤਸਵੀਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਤੇ ਜੁਗਾਂ ਜੁਗਾਂ ਤੱਕ ਇਹ ਸਾਕੇ ਜਿਉਂਦੇ ਰਹਿਣੇ ਆ। ਜਦੋਂ ਵੀ ਇਹ ਦਿਨ ਆਵੇਗਾ ਤਾਂ ਉਦੋਂ ਹੀ ਖਾਲਸਾ ਪੰਥ ਇੱਥੇ ਇਕੱਠਾ ਹੋਵੇਗਾ ਤੇ ਝੰਡੇ ਬੁੰਗੇ ਜੁਗੋ ਜੁਗ ਅਟੱਲ ਦਾ ਜਿਹੜਾ ਕਿ ਪ੍ਰਤੀਕ ਆ ਉਹ ਸਾਂਝਾ ਕਰਦਾ ਰਹੇਗਾ। ਤਾਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਸਿੰਘ ਸਾਹਿਬ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨਾਂ ਨੂੰ ਇਹ ਦੇਖੋ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਅੱਜ ਸਾਡਾ ਉਹ ਸ਼ੁਭ ਦਿਹਾੜਾ ਹੈ ਜਿਸ ਤੋਂ ਸਾਨੂੰ ਸਿੱਖੀ ਦੀ ਪ੍ਰੇਰਨਾ ਮਿਲਦੀ ਹੈ, ਜਿੱਥੇ ਸਾਡੇ ਸਿੱਖੀ ਦੇ ਬੂਟੇ ਨੂੰ ਖੂਨ ਨਾਲ ਸਿੰਚਿਆ ਗਿਆ ਹੈ। ਅੱਜ ਜੋ ਸਿੰਚੇ ਬੂਟੇ ਦੀ ਅੱਜ ਤੁਸੀਂ ਸ਼ਾਨ ਮਾਣ ਦੇਖ ਰਹੇ ਹੋ। ਸੰਗਤ ਇਸ ਨੂੰ ਅਫਸੋਸ ਨਾਲ ਮਨਾਉਂਦੀ, ਅਫਸੋਸ ਨਹੀਂ, ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅੱਜ ਜਿੰਨੇ ਵੀ ਸੰਗਤ ਸਾਡੇ ਨਾਲ ਆਈ ਹੈ, ਇਹ ਖਾਲਸਾ ਪ੍ਰਚਾਰ ਜਥਾ ਪਟਿਆਲਾ ਤੋਂ ਔਰ ਪਾਣੀਪਤ ਤੋਂ ਆਈ ਹੈ, ਜਿਹੜੀ ਕਿ ਇਸ ਨਗਰ ਕੀਰਤਨ 'ਚ ਦੀ ਸ਼ੋਭਾ ਵਧਾਉਣ ਵਾਸਤੇ ਆਈ ਹੈ। ਇਹ ਸਥਾਨ ਸਭ ਤੋਂ ਪਵਿੱਤਰ ਸਥਾਨ ਹੈ, ਜਿੱਥੇ ਸਾਡੇ ਦੋ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਬਲੀਦਾਨ ਦੇ ਕੇ ਇਸ ਧਰਤੀ ਨੂੰ ਸਿੰਚਿਆ ਹੈ, ਜਿਸ ਨਾਲ ਅੱਜ ਖਾਲਸਾ ਪ੍ਰਫੁੱਲਤ ਹੋ ਰਿਹਾ ਹੈ ਤੇ ਅੱਗੋਂ ਹੋਰ ਵੀ ਹੋਏਗਾ। ਸੋ ਮੈਂ ਖਾਲਸਾ ਜੀ ਨੂੰ ਬੇਨਤੀ ਕਰਦਾ ਹਾਂ, ਇੱਕ 35 ਅੱਖਰੀ ਬਣਾਈ ਹੈ ਕਾਰਡ ਤੇ, ਜਿਸ ਨਾਲ ਊੜਾ ਐੜਾ ਈੜੀ ਸੱਸਾ ਸਾਰਾ ਦਿੱਤਾ ਗਿਆ ਹੈ ਤੇ ਉਹ ਸੰਗਤਾਂ ਨੂੰ ਇਸ ਦੇ ਮੁਤਾਬਕ ਚੱਲਣਾ ਚਾਹੀਦਾ ਤਾਂ ਕਿ ਸਾਨੂੰ ਪੰਜਾਬੀ ਵੀ ਆਵੇ ਤੇ ਸਾਨੂੰ ਇਹਦੇ ਹਰ ਇੱਕ ਲਫ਼ਜ਼ ਦੇ ਨਾਲ ਸਿੱਖੀ ਦਾ ਮਾਰਗ ਵੀ ਅਪਣਾਈਏ। ਇਹਨਾਂ ਕਹਿ ਕੇ ਮੈਂ ਆਪ ਨੂੰ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹਨਾਂ ਨੇ 35 ਲਿਖੀ ਆ, ਇਹ ਨਾਨਕਸ਼ਾਹੀ ਕੈਲੰਡਰ ਆ। ਇਸ ਦੇ ਵਿੱਚ ਜੋ ਅੱਜ ਕੱਲ੍ਹ ਦੇ ਕੈਲੰਡਰ ਨੇ ਉਹ ਕੈਲੰਡਰ ਕੁਝ ਹੋਰ ਨੇ, ਉਹ ਅੰਗਰੇਜ਼ਾਂ ਦੇ ਦਿੱਤੇ ਹੋਏ ਕੈਲੰਡਰ ਨੇ, ਪਰ ਸਿੱਖ ਕੌਮ ਦਾ, ਸਿੱਖ ਪੰਥ ਦਾ ਇਹੋ ਹੀ ਕੈਲੰਡਰ ਆ। ਇਸ ਦੇ ਵਿੱਚ ਦੇਸੀ ਮਹੀਨੇ ਨੇ, ਇਸ ਦੇ ਵਿੱਚ ਪੋਹ, ਮਾਘ, ਜੇਠ, ਹਾੜ, ਸੌਣ, ਭਾਦੋਂ ਅਜਿਹਾ ਕੁਛ ਆ। ਤੇ ਗੁਰਮੁਖੀ ਦੇ ਵਿੱਚ ਜਿਹੜੇ ਕਿ ਇਹਦੇ ਦਿਨ ਲਿਖੇ ਹੋਏ ਨੇ ਤੇ ਗੁਰਮੁਖੀ ਦੇ ਵਿੱਚ ਹੀ ਜਿਹੜੀ ਕਿ ਅੱਖਰ ਲਿਖੇ ਹੋਏ ਨੇ। ਤਾਂ ਜਿਹੜੀ 35 ਦੀ ਗੱਲ ਕਰ ਰਹੇ ਸੀ ਬਜ਼ੁਰਗ, ਉਹ 35 ਉਹ ਸਾਨੂੰ ਗੁਰੂਆਂ ਨੇ ਦਿੱਤੀ ਆ, ਉਹ ਸਾਡੇ ਗੁਰੂਆਂ ਦੀ ਆ, ਉਹ ਵੀ ਇਸ ਦੇ ਵਿੱਚ ਲਿਖੀ ਹੋਈ ਆ। ਊੜੇ ਤੋਂ ਲੈ ਕੇ ਡਾੜੇ ਤੱਕ ਜੋ ਉਸ ਦੇ ਮਤਲਬ ਨਿਕਲਦੇ ਨੇ ਸਿੱਖ ਪੰਥ ਦੇ ਵਿੱਚ, ਉਹ ਇਸ ਦੇ ਵਿੱਚ ਮੌਜੂਦ ਨੇ। ਤਾਂ ਅਸੀਂ ਰੱਖ ਸਕਦੇ ਹਾਂ। ਤਾਂ ਅਸੀਂ ਮੰਗ ਕੇ ਲੈਤੀ ਆ, ਇੱਕ ਕੈਲੰਡਰ ਲੈਤਾ ਇਹਨਾਂ ਤੋਂ। ਇਹ ਤਸਵੀਰਾਂ, ਇਹ ਕਿੰਨੀ ਉਮਰ ਦੇ ਆ? ਇਹ 1 ਸਾਲ ਦੇ ਜੀ। 1 ਸਾਲ ਦੇ ਆ। ਕਿੰਨਾ ਕੁ ਚਾਅ ਹੁੰਦਾ, ਕਿੰਨਾ ਕੁ ਖੁਸ਼ ਹੁੰਦੇ ਨੇ ਜਦੋਂ ਇਹਨਾਂ ਦੇ ਸਿਰ ਤੇ ਦਸਤਾਰ ਸਜਾਉਣੇ? ਬਹੁਤ ਖੁਸ਼ ਹੁੰਦੇ, ਬਹੁਤ ਖੁਸ਼ ਹੁੰਦੇ ਆ। ਦੇਖ ਠੀਕ ਹੋ? ਬੋਲਦੇ ਨੇ ਇਹ? ਨਹੀਂ, ਹਾਲੇ ਤਾਂ ਨਹੀਂ ਬੋਲਦੇ। ਹਾਲੇ ਬੋਲਣ ਨਹੀਂ ਲੱਗੇ। ਤਾਂ ਇਹ ਦੇਖ ਸਕਦੇ ਹੋ, ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਨੂੰ ਚੱਲ ਕੇ ਹੋਰ ਵੀ ਸਾਂਝੀਆਂ ਕਰਾਂਗੇ, ਕਿਉਂਕਿ ਇਹ ਸਿੰਘ ਸਜੇ ਹੋਏ ਨੇ। ਇਹ ਖਾਲਸਾ ਪੰਥ ਦੀ ਤਸਵੀਰ ਆ, ਇੱਕ ਜਿਹੜੀ ਕਿ ਕੌਮ ਦੀ ਤਸਵੀਰ ਆ, ਇੱਕ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਅਟੱਲ ਸੀ ਤੇ ਅਟੱਲ ਰਹਿਣੇ ਆ। ਇਹਨਾਂ ਦੇ ਉੱਪਰ ਬੜੇ ਸਵਾਲ ਖੜੇ ਹੁੰਦੇ ਨੇ, ਝੰਡੇ ਬੁੰਗਿਆਂ ਦੇ ਉੱਪਰ ਬੜਾ ਕੁਝ ਬੋਲਦੇ ਨੇ ਵਿਰੋਧੀ ਧਿਰਾਂ। ਕਿਵੇਂ ਦਾ ਲੱਗਦਾ ਸਿੰਘ ਸਾਹਿਬ ਅੱਜ ਦਾ ਜੋ ਦਿਨ, ਅੱਜ ਦਾ ਜੋ ਦਿਹਾੜਾ ਹੈਗਾ? ਚੜ੍ਹਦੀ ਕਲਾ ਰਹੇਗੀ ਸਦਾ, ਸਦਾ ਹੀ ਚੜ੍ਹਦੀ ਕਲਾ। ਉਹਨਾਂ ਦੀ ਖੇਡ ਸਾਰੀ ਅੱਜ ਜੋ ਹੋ ਰਿਹਾ ਉਹਨਾਂ ਦੀ ਬਦੌਲਤ ਹੋ ਰਿਹਾ, ਹੋਰ ਨਹੀਂ। ਰਹੇਗੀ ਵੀ ਇਸ ਤਰ੍ਹਾਂ ਹੀ, ਇੱਦਾਂ ਨਹੀਂ ਦੀ ਦੁਨੀਆ ਤੱਕ ਰਹੇਗੀ। ਜਦੋਂ ਧਰਤੀ ਸਮਾਨ ਰਹੇਗਾ ਉਹਨਾਂ 'ਚ ਰਹੇਗੀ। ਤਾਂ ਇਹ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੇ ਸਾਕੇ ਹੋਏ ਨੇ ਇੱਥੇ। ਦੇਖ ਸਕਦੇ ਹੋ, ਇਹ ਤਸਵੀਰ ਦਿਖਾ। ਇਹ ਜਿਹੜੇ ਕਹਿੰਦੇ ਨੇ ਕਿ ਸ਼ਾਸਤਰਾਂ ਨਾਲ ਕਿਉਂ ਪਿਆਰ ਕਰਦੇ ਆ, ਇਹ ਪੰਜਾਬ ਦੇ ਖੂਨ ਦੇ ਵਿੱਚ ਆ, ਪੰਜਾਬ ਦੇ ਜਹਨ ਦੇ ਵਿੱਚ ਆ। ਇਹ ਤਸਵੀਰ ਹੀ ਅਜਿਹੀ ਆ ਕਿ ਜਿਹੜੀ ਸ਼ਾਸਤਰਾਂ ਦੇ ਵਿੱਚੋਂ ਜੰਮੀ ਆ ਤੇ ਸ਼ਾਸਤਰਾਂ ਦੇ ਵਿੱਚ ਹੀ ਅਲੋਪ ਹੋ ਜਾਣਾ ਇਸ ਤਸਵੀਰ ਨੇ। ਅਸੀਂ ਤੁਹਾਡੇ ਨਾਲ ਇਸੇ ਕਰਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਥੋੜਾ ਸਾਨੂੰ ਦਿਖਾ ਦਿਓਗੇ, ਅਸੀਂ ਕਵਰ ਕਰ ਲਈਏ।
ਥੋੜਾ ਜਿਹਾ ਅਸੀਂ ਕਰ ਲਈਏ ਕਵਰ ਬਾਬਾ, ਪਿੱਛੇ ਨੂੰ ਹੀ ਮਾੜਾ ਜਿਹਾ। ਇਹ ਆ ਜੌਰ ਗੱਤਕੇ ਦੇ। ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿ ਇੱਥੇ ਗੱਤਕੇ ਵਾਲੇ ਪਹੁੰਚੇ ਹੋਏ ਨੇ। ਇਹ ਸਿੰਘ ਸਾਹਿਬ ਨੇ, ਇਹ ਢੋਲ ਦੇ ਡਗੇ ਦੇ ਉੱਤੇ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ, ਤੁਸੀਂ ਦੇਖ ਸਕਦੇ ਹੋ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲੀ ਜਿਹੜੀ ਕਿ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਪਹੁੰਚਦੀ ਕੀਤੀ ਜਾਵੇ ਤੁਹਾਡੇ ਤੱਕ। ਪਿੱਛੇ ਵਾਲਿਆਂ ਦਾ ਦਿਖਾ ਦੇ ਸ਼ਾਟ। ਅਸੀਂ ਅੱਜ ਸਾਰਾ ਕਵਰ ਕਰਕੇ ਜੁੰਦਾ ਹੁੰਦਾ, ਉਹ ਹੱਥ ਵਿੱਚ ਉਹਦੇ ਹਥਿਆਰ ਹੁੰਦਾ, ਉਹ ਰੋਡੇ ਪੋਡੇ ਦਿਖਦੇ ਨਾ, ਹਰ ਮੋੜ ਘੜੀ ਖੜਾ ਸਰਦਾਰ ਹੁੰਦਾ। ਉਹ ਕਿਹੜਾ ਲਾਉਂਦਾ ਸਾਡੇ ਸਤਿਗੁਰੂ ਬਾਬਾ ਕਲਗੀ, ਉਹਦੀ ਹਿੱਕ ਦੇ ਸਿੰਘਾਂ ਦਾ ਵਾਰ ਹੁੰਦਾ। ਬੋਲੇ ਸੋਨਿਆ ਖੁਸ਼ੀਆਂ ਜਗਾਰੇ ਬੁਲਾਵੇ, ਧੰਨ ਧੰਨ ਬਾਬਾ ਜੋਰਾਵਰ, ਧੰਨ ਧੰਨ ਬਾਬਾ ਫਤਿਹ ਸਿੰਘ, ਮਾਤਾ ਗੁਜਰ ਜੋ ਕੌਰ ਦੇ ਮਨ ਨੂੰ ਭਾਵੇ ਖੁਸ਼ੀਆਂ ਜਾਏ। ਸਤਿ ਸ੍ਰੀ ਅਕਾਲ। ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ, ਕੇਸਾਂ ਦੀ ਬੇਅਦਬੀ ਕਰਨ ਵਾਲਾ ਸਿਰਗੁੰਮ ਕਿਹਾ ਜਾਂਦਾ ਹੈ। ਇਹ ਜਿਹੜੇ ਸਲੋਗਨ ਨੇ, ਇੱਕ ਵਾਰ ਇਹ ਸਾਰੇ ਇਕੱਲਾ ਸਲੋਗਨ ਸੰਗਤ ਦੇ ਤੱਕ ਪਹੁੰਚਣਾ ਚਾਹੀਦਾ। ਤੁਸੀਂ ਭਾਈ ਸਾਹਿਬ ਗਾਂ ਨੂੰ ਆ ਜਾਓ, ਥੋੜਾ ਜਿਹਾ ਅੱਗੇ ਨੂੰ ਆ ਜਾਓ। ਇਹਦੇ ਤੇ ਵੀ ਇਹ ਦੇਖੋ, ਇਹ ਸਲੋਗਨਾਂ ਦੇ ਉੱਪਰ ਬਹੁਤ ਕੁਝ ਲਿਖਿਆ ਹੋਇਆ। ਇਹ ਸਾਡੀ ਗੁਰਬਾਣੀ ਵੀ ਕਹਿੰਦੀ ਆ, ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮ ਉਹ ਕੁਸ਼ਤੀ ਹੋਏ ਮਰੇ। ਤਾਂ ਇਹ ਤਸਵੀਰਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆਈ ਵਾਰ ਤੁਸੀਂ ਲੈ ਕੇ ਚੱਲਦੇ ਹੁੰਦੇ ਹੋ, ਆਈ ਵਾਰ ਸੰਗਤ ਨੂੰ ਜਾਗਰੂਕ ਕਰਦੇ ਹੋ। ਦੇਖਦੇ ਆ, ਇੱਥੇ ਪੜ੍ਹਦੇ ਰਹੇ ਆ ਮਾਤਾ ਗੁਜਰੀ ਕਾਲਜ ਦੇ ਵਿੱਚ, ਇੱਥੇ ਦਰਸ਼ਨ ਦਿਦਾਰੇ ਵੀ ਹੁੰਦੇ ਰਹੇ ਨੇ। ਇਹ ਕਿੰਨੇ ਕੁ ਜਿਹੜਾ ਕਿ ਫਰਕ ਪੈ ਜਾਂਦਾ ਗਾ ਲੋਕਾਂ ਦੇ ਉੱਪਰ ਜਾਂ ਸੰਗਤ ਦੇ ਉੱਪਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆਏ ਵਾਰੀ ਸਾਡੇ ਨਾਲ ਜਿੰਨੇ ਸਿੰਘ ਆਉਂਦੇ ਆ ਜੀ, ਉਹਦੇ ਵਿੱਚ ਘੱਟੋ ਘੱਟ 8 ਤੋਂ 10 ਸਿੰਘ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਅਸੀਂ ਹਰ ਵਾਰੀ ਕੇਸਾਧਾਰੀ ਕਰਕੇ ਸੈਂਟਰ ਦੇ ਉੱਤੇ ਦਸਤਾਰ ਸਜਾ ਕੇ ਉਹਨਾਂ ਨਾਲ ਪ੍ਰਣ ਕੀਤਾ ਜਾਂਦਾ ਵੀ ਕੇਸਾਧਾਰੀ ਹੋਣਗੇ, ਦਸਤਾਰ ਵੀ ਦਿੱਤੀ ਜਾਂਦੀ, ਉਹਨਾਂ ਨੂੰ ਉਸ ਮਾਹੌਲ ਦੇ ਵਿੱਚ ਗੁਰਬਾਣੀ ਨਾਲ ਜੋੜਿਆ ਜਾਂਦਾ ਜੀ। ਤੇ ਆਏ ਵਾਰੀ ਸਾਡੇ ਨਾਲ 8-10 ਤੋਂ ਸਿੰਘ, ਮਤਲਬ ਕਿ ਜਿਹੜੇ ਨਵੇਂ ਸਿੰਘ ਸਜੇ ਹੁੰਦੇ ਆਉਂਦੇ ਆ, ਸਾਡੇ ਲਈ ਪੂਰਾ ਪ੍ਰਭਾਵ ਹੈ ਜੀ। ਇੱਥੇ ਸੰਗਤ ਦੇ ਨਾਲ ਜਿੱਦਾਂ ਵਿੱਚ ਵਿਚਰਦੇ ਆ, ਉਹਨਾਂ ਤੋਂ ਪਤਾ ਲੱਗਦਾ, ਵਿੱਚ ਰਿਸਪੌਂਸ ਮਿਲਦਾ ਵੀ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜੀ। ਸਾਡੇ ਆਪ ਦੇ ਸ਼ਹਿਰ ਦੇ ਵਿੱਚ ਜਿੱਥੇ ਸਾਡੀ ਫੈਡਰੇਸ਼ਨ ਮਤਲਬ ਕੰਮ ਕਰਦੀ, ਇਹ ਉੱਥੋਂ ਸਾਡੇ ਕੋਲੇ ਸਿੰਘ ਦਸਤਾਰ ਸੈਂਟਰ ਤੇ ਨਵੇਂ ਤੋਂ ਨਵੇਂ ਆਉਂਦੇ ਦਸਤਾਰਧਾਰੀ ਹੁੰਦੇ ਆ। ਤੇ ਮਹਾਰਾਜ ਦੀ ਬੜੀ ਕਿਰਪਾ ਵੀ ਸਾਡੀ ਜਿਹੜੀ ਇਹ ਸਫਲ ਹੁੰਦੀ ਹੈ ਕਿਰਤ ਕੀਤੀ ਜੀ। ਹਾਂਜੀ। ਇੱਥੇ ਹੋਰ ਕੀ ਦੇਖਣ ਨੂੰ ਮਿਲਦਾ ਜਦੋਂ ਆਉਣੇ ਹੋ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਿ ਸਿਰ ਫਿਰੇ ਵੀ ਮਿਲ ਜਾਂਦੇ ਨੇ ਕਈ ਵਾਰ। ਉਹਨਾਂ ਤੇ ਬਾਬਾ ਜੀ ਇੱਕ ਗੱਲ ਦੀ ਬੜੀ ਖੁਸ਼ੀ ਆ, ਮਹਾਰਾਜ ਦੀ ਕਿਰਪਾ। ਦੇਖੋ ਅਨੰਦਪੁਰ ਸਾਹਿਬ ਜੋ ਭਾਣਾ ਸਿੰਘ ਨਾਲ ਵਾਪਰਿਆ ਹੈ ਨਾ ਜੀ, ਉਹਨਾਂ ਨੇ ਸ਼ਹੀਦੀ ਹੋ ਗਈ। ਇਸੇ ਗੱਲ ਨੂੰ ਰੋਕਣ, ਹੱਲੇ ਗੁੱਲੇ ਨੂੰ ਰੋਕਣ ਦੇ ਲਈ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਸੀਗਾ, ਤੇ ਉਹਨਾਂ ਨੂੰ ਆਪਦੀ ਚਲੋ ਜਵਾਨ ਗਵਾਉਣੀ ਪਈ ਉਹ ਕੌਮ ਦੇ ਲਈ, ਪਰ ਬੜਾ ਕੰਮ ਹੀ ਇੱਥੇ ਐਤਕੀ ਇਹ ਗੱਲ ਵੇਖੀ, ਐਤਕੀ ਜਿਹੜੀ ਇਹ ਰੋਕ ਟੋਕ ਹੈ ਸ਼ੋਰ ਸ਼ਰਾਬੇ ਦਾ ਬੜਾ ਫਰਕ ਆ ਜੀ। ਇਹ ਚੀਜ਼ ਹੋਣੀ ਨਹੀਂ ਚਾਹੀਦੀ। ਦੇਖੋ ਕਿਤੇ ਕੋਈ ਪ੍ਰਚਾਰ ਵੀ ਚੱਲ ਰਿਹਾ ਹੁੰਦਾ ਹੈ, ਕਿਤੇ ਕੋਈ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਜਾਂ ਕੋਈ ਆਪਦੇ ਹੈ ਨਾ ਇਤਿਹਾਸ ਦੱਸ ਰਿਹਾ, ਇੰਨੇ ਸ਼ੋਰ ਸ਼ਰਾਬੇ, ਟਰੈਕਟਰਾਂ ਦੀਆਂ ਬੇਸਾਂ ਰੇਸਾਂ, ਇਹ ਸਾਰਾ ਚੀਜ਼ਾਂ ਬੜੇ ਇੱਥੋਂ ਦਾ ਮਾਹੌਲ ਖਰਾਬ ਕਰ ਦਿੰਦੀਆਂ ਜੀ। ਤੇ ਇਹ ਚੀਜ਼ ਚਾਹੀਦੀਆਂ ਸਿੰਘਾਂ ਨੂੰ, ਕਹਿੰਦਾ ਵੀ ਇਹ ਧੱਕਾ ਕਰਦੇ ਸਾਡੇ ਨਾਲ, ਕੁੱਟਮਾਰ ਕਰਦੇ ਜਾਂ ਕੁਛ ਕਰਦੇ, ਇਹ ਚੀਜ਼ ਨਹੀਂ, ਕਿਸੇ ਦਾ ਮਨ ਨਹੀਂ ਕਰਦਾ। ਇੱਥੋਂ ਦਾ ਜੇ ਮਾਹੌਲ ਹੀ ਇੱਦਾਂ ਦਾ ਬਣਿਆ ਹੋਵੇ, ਸਾਰਿਆਂ ਦੇ ਮਨ ਦੇ ਅੰਦਰੋਂ ਉਹ ਗੱਲ ਜਾਗਦੀ ਹੋਵੇ, ਸਾਹਿਬਜ਼ਾਦਿਆਂ ਨਾਲ ਪ੍ਰੇਮ ਹੋਵੇ ਨਾ, ਲੱਗੀ ਹੋਵੇ ਗੱਲ ਨੂੰ, ਤੇ ਸਾਨੂੰ ਨਹੀਂ ਲੋੜ ਮੈਨੂੰ ਲੱਗਦਾ ਵੀ ਕਿਸੇ ਨੂੰ ਰੋਕਣ ਟੋਕਣ ਦੀ। ਸਾਰੇ ਇਹ ਮਨ ਦੇ ਵਿੱਚ ਮਨਚਾ ਲੈ ਕੇ ਆਉਂਦੇ ਲੋਕ। ਇਹ ਅੱਧੇ ਤਾਂ ਇਹੀ ਆਉਂਦੇ, ਉਹਨਾਂ ਨੂੰ ਕਹਿਣਗੇ ਅਸੀਂ ਮੇਲੇ ਤੇ ਚੱਲੇ, ਮੇਲਾ ਨਹੀਂ ਗਏ, ਸਭਾ ਹੈ ਜੀ ਇਹ ਜੋੜ ਮੇਲਾ। ਉਹਨਾਂ ਦੀ ਯਾਦ ਵਿੱਚ ਬਹਿ ਕੇ ਜੁੜਨਾ,
ਉਹਨਾਂ ਬਾਰੇ ਗੱਲਬਾਤ ਕਰਨੀ, ਉਹਨਾਂ ਦੀ ਜਿਹੜੀ ਉਹਨਾਂ ਦੇ ਚਾਨਣਾ ਪਾਉਣੀ ਉਸ ਇਤਿਹਾਸ ਨੂੰ ਸਾਡੇ ਅੰਦਰ ਤੱਕ ਹਨਾ ਜਿਹੜਾ ਪਹੁੰਚਦੀ ਆ, ਤੇ ਉਹ ਪ੍ਰਚਾਰ ਦੇ ਲਈ ਅਸੀਂ ਇੱਥੇ ਆਉਂਦੇ ਹਾਂ, ਨਾ ਕਿ ਜੋੜ ਮੇਲੇ ਤੋਂ। ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮੋਂ ਕੁਸ਼ਤੀ ਹੋਏ ਮਰੇ। ਗੁਰਬਾਣੀ ਦੀਆਂ ਤੁਕਾਂ ਕਹਿੰਦੀਆਂ ਨੇ, ਅਸੀਂ ਆਦੇ ਕੋਲੋਂ ਨਹੀਂ ਕਹਿ ਰਹੇ, ਪਰ ਫਿਰ ਵੀ ਉਹਨਾਂ ਤੱਕ ਇਹ ਆਵਾਜ਼ਾਂ ਜਿਹੜੀਆਂ ਗੱਲਾਂ ਪਹੁੰਚਦੀਆਂ ਨੇ, ਪਰ ਉਹ ਕਹਿੰਦੇ ਨੇ ਇਹ ਉਸ ਟੋਪੀ ਦੀ ਗੱਲ ਨਹੀਂ ਕਰੀ ਜਿਹੜੀ ਅੱਜ ਕੱਲ੍ਹ ਲਈ ਫਿਰਦੇ ਆ। ਦੇਖੋ ਜੀ, ਟੋਪੀ ਤਾਂ ਟੋਪੀ ਹੈ, ਜਿਹਨੂੰ ਨਾ ਹੀ ਟੋਪੀ ਦਿੱਤਾ ਗਿਆ ਉਹ ਤਾਂ ਭਾਵੇਂ ਤੁਸੀਂ ਹੁਣ ਵਾਲੇ ਜ਼ਮਾਨੇ ਦੀ ਲੈ ਲਓ, ਭਾਵੇਂ ਜਿਹੜੇ ਡਿਊਟੀ ਨਿਭਾ ਰਹੇ ਤੇ ਉਹ ਤੋਂ ਅਲੱਗ ਤੋਂ ਇਲਾਵਾ ਜੀ ਯੂਨੀਵਰਸਿਟੀ ਦੇ ਜਿੰਨੇ ਵੀ ਸਟੂਡੈਂਟ ਆ ਸਕੇ ਸੀ 200 ਤੋਂ 300 ਹੋਣਗੇ ਅਸੀਂ ਤਕਰੀਬਨ ਸਾਰੇ ਜੀ, ਤੇ ਗੱਤਕੇ ਦੀ ਟੀਮ ਹੈ ਵਿੱਚ ਜੀ। ਹਾਂਜੀ ਹਾਂਜੀ। ਜਦੋਂ ਸਭਾ ਦੇ ਦਿਨ ਆਉਂਦੇ ਨੇ, ਖਾਸ ਕਰਕੇ ਮੈਂ ਵੀ ਚਲੋ ਇੱਥੇ ਪੜ੍ਹਿਆ ਮਾਤਾ ਗੁਜਰੀ ਕਾਲਜ ਦੇ ਵਿੱਚ, ਜਦੋਂ ਸਭਾ ਦੇ ਦਿਨ ਆਉਂਦੇ ਨੇ ਉਦੋਂ ਸਟੂਡੈਂਟਾਂ ਨੂੰ ਇਹ ਹੋ ਜਾਂਦਾ ਵੀ ਹੁਣ ਸਭਾ ਆ ਗਈ ਆ, ਚਲੋ ਲੰਗਰ ਪਾਣੀ ਵੀ ਚੱਲਣਗੇ। ਇੱਥੇ ਹੁੱਲੜਬਾਜ਼ੀ ਵੀ ਕਈ ਕਰਦੇ ਮਿਲ ਜਾਂਦੇ ਨੇ, ਪਰ ਇਸ ਵਾਰ ਤਾਂ ਨਹੀਂ ਕੋਈ ਅਜਿਹਾ ਹੋਇਆ। ਦੇਖੋ ਜੀ, ਮੈਂ ਤਾਂ ਤਕਰੀਬਨ ਹੁਣ ਦੇਖਿਆ ਨਹੀਂ ਹੈਗਾ ਜੀ, ਕਿਉਂਕਿ ਮੈਂ ਤਾਂ ਇਸ ਹਿਸਾਬ 'ਚ ਹੈ ਨਹੀਂ ਸੀਗਾ ਜੀ, ਪਰ ਜਿਨ੍ਹਾਂ ਨੇ ਕਰਨਾ ਜੀ ਉਹ ਤੁਹਾਨੂੰ ਪਤਾ ਜੀ ਵੀ ਹਟ ਨਹੀਂ ਸਕਦੇ, ਠੀਕ ਹੈ ਨਾ। ਬਾਕੀ ਹਾਂ ਕੁਝ ਇਹ ਹੈ ਜਿਹੜੇ ਨਵੇਂ ਨੌਜਵਾਨ ਜਿਵੇਂ ਹੁਣ ਸਿਖਾਇਆ ਜਾਂਦਾ ਜੀ ਹੈ ਨਾ, ਤੇ ਹੁਣ ਨਵੀਂ ਪੀੜ੍ਹੀ ਨੂੰ ਤਾਂ ਇਸ ਵਾਰੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਜੀ, ਇਹ ਤੁਸੀਂ ਵੀ ਦੇਖਿਆ ਹੀ ਹੋ। ਕਿਹੜਾ ਤੁਹਾਡਾ ਏਰੀਆ? ਮੇਰਾ ਫਤਿਹਗੜ੍ਹ ਸਾਹਿਬ ਹੀ ਹੈ ਜੀ। ਫਤਿਹਗੜ੍ਹ ਸਾਹਿਬ ਜੀ। ਕੋਈ ਬਰਨਾਲੇ ਵਾਲੀ ਸਾਈਡ ਤੋਂ ਹੈਗਾ? ਮੇਰੇ ਵਾਲੇ ਏਰੀਏ ਤੋਂ ਬਈ ਜੀ ਪਿੱਛੇ ਨਗਰ ਕੀਰਤਨ ਆ ਰਿਹਾ, ਤੁਹਾਡੀ ਇਸ ਵਾਰ ਡਿਊਟੀ ਲੱਗਿਆ ਕਿ ਮਾਤਾ ਗੁਜਰੀ ਕਾਲਜ ਵਾਲਿਆਂ ਦੀ ਲੱਗਦੀ ਹੁੰਦੀ ਸੀ, ਹੈ ਨਾ। ਕਿਵੇਂ ਦਾ ਅੱਜ ਦਾ ਮਾਹੌਲ ਕੀ ਕਹਿੰਦਾ ਗਾ ਜੋ ਅੱਜ ਤੁਸੀਂ ਇੱਥੇ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋ, ਜਾਂ ਜਿਹੜੀ ਇਹ ਸਭਾ ਗਈ ਸ਼ਹੀਦੀ ਸਭਾ, ਇਸ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਬਦਲਾਅ ਦੇਖਣ ਨੂੰ ਮਿਲਿਆ, ਕਿੰਨਾ ਕੁ ਜਿਹੜਾ ਕਿ ਵੱਖਰਾ ਪਹਿਲਾਂ ਨੂੰ? ਬਾਈ ਜੀ ਪਹਿਲਾਂ ਨਾਲ ਤਾਂ ਬਹੁਤ ਬਦਲਾਅ ਦੇਖਿਆ, ਜਿਹੜੇ ਨੌਜਵਾਨ ਪੀੜ੍ਹੀ ਆ ਆਪਣੀ ਸਿੱਖੀ ਵੱਲ ਬਹੁਤ ਆ ਰਹੀ ਆ, ਤੇ ਆਪਣਾ ਗੁਰੂ ਸਾਹਿਬ ਦਾ ਬਹੁਤ ਹੋ ਰਿਹਾ, ਬਲਕਿ ਨੌਜਵਾਨ ਸਭਾ ਵੱਧ ਤੋਂ ਵੱਧ ਆਪਣਾ ਸਿੱਖੀ ਵੱਲ ਆਓ। ਤਾਂ ਇਹਨਾਂ ਦੀ ਅਪੀਲ ਆ, ਇਹ ਅਸੀਂ ਤਾਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਟੂਡੈਂਟ ਨੇ, ਸ਼੍ਰੀ ਫਤਿਹਗੜ੍ਹ ਸਾਹਿਬ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟ ਨੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਜਿਹੜੀਆਂ ਕਿ ਤਸਵੀਰਾਂ ਉਹ ਸਾਂਝੀਆਂ ਕੀਤੀਆਂ ਹਨ। ਖਾਸ ਕਰਕੇ ਸਟੂਡੈਂਟਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਅਸੀਂ ਖੁਦ ਇਸ ਜਗ੍ਹਾ ਤੋਂ, ਇਸ ਧਰਤੀ ਤੋਂ ਪੜ੍ਹ ਕੇ ਗਏ ਹਾਂ। ਇਸ ਧਰਤੀ ਨੇ ਜੋ ਵੀ ਦਿੱਤਾ ਅੱਜ ਤੁਹਾਡੇ ਸਾਹਮਣੇ ਆ। ਇਸ ਧਰਤੀ 'ਤੇ ਜਿੰਨੇ ਸਟੂਡੈਂਟ ਪੜ੍ਹਦੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਹੋ ਸਕੇ। ਸਾਡੀ ਗੁਰਬਾਣੀ ਦੀਆਂ ਤੁਕਾਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤਾਂ ਹਰ ਇੱਕ ਕੰਮ ਦੇ ਵਿੱਚ, ਹਰ ਇੱਕ ਜੇਕਰ ਦੇਖਿਆ ਜਾਵੇ ਤਾਂ ਹਰ ਇੱਕ ਪਾਸੇ ਬੀਬੀਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਮਾਤਾਵਾਂ ਦਾ, ਭੈਣਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਕਿ ਜਦੋਂ ਕਿਹਾ ਜਾਂਦਾ ਕਿ ਮਾਂ ਦੀ ਹੱਲਾ ਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਉਸੇ ਮਾਂ ਦੀ ਹੱਲਾ ਸ਼ੇਰੀ ਹੀ ਪੁੱਤ ਨੂੰ ਡਰਪੋਕ ਵੀ ਬਣਾ ਦਿੰਦੀ ਆ ਜੇਕਰ ਮਾਂ ਅਜਿਹੀਆਂ ਗੱਲਾਂ ਕਰਨ ਲੱਗ ਜੇ। ਤਾਂ ਇਹ ਤਸਵੀਰਾਂ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਾਤਾ ਸਾਹਿਬ ਕੌਰ, ਮਾਈ ਭਾਗੋ ਦੀਆਂ ਜਿਹੜੀਆਂ ਕਿ ਵਾਰਸਾਂ ਨੇ, ਉਹਨਾਂ ਦੀਆਂ ਜਿਹੜੇ ਕਿ ਦਰਸ਼ਨ ਆ ਉਹ ਵੀ ਅਸੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਕਿ ਉਹ ਵੀ ਸਾਹਮਣੇ ਆਊਗਾ। ਤਾਂ ਅਸੀਂ ਗੱਲ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਇੱਥੋਂ ਦੀ ਹੋ ਤੁਸੀਂ? ਉਰੋਂ ਦੀ ਰਹਿਣ ਵਾਲੇ ਹੋ? ਤਾਂ ਤੁਸੀਂ ਇਸੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚੋਂ ਹੀ? ਹਾਂਜੀ ਸਰ। ਮੈਮ ਕਿਵੇਂ ਦਾ ਜਿਹੜਾ ਕਿ ਮਾਹੌਲ ਆ ਜੋ ਇਹ ਦਿਖਾਈ ਦੇ ਰਿਹਾ? ਇਹ ਕਿਹਾ ਜਾਂਦਾ ਕਿ ਮਾਂ ਦੀ ਹੱਲਾ ਸ਼ੇਰੀ ਆ ਜਿਹੜੀ ਉਹ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਮਾਂ ਹੀ ਹੁੰਦੀ ਆ ਜਿਹੜੀ ਕਿ ਇਤਿਹਾਸ ਦੱਸ ਸਕਦੀ ਹੁੰਦੀ ਹੈ ਤੇ ਇਤਿਹਾਸ ਤੋਂ ਪਾਸੇ ਕਰ ਸਕਦੀ ਹੁੰਦੀ। ਤਾਂ ਠੀਕ ਹੈ ਸਰ, ਇੱਕ ਮਾਂ ਤਾਂ ਪਹਿਲੀ ਗੁਰੂ ਹੁੰਦੀ ਹੈ ਬੱਚੇ ਦੀ, ਸੋ ਇਹ ਕਹਿਣਾ ਸੱਚ ਹੈ ਕਿ ਮਾਂ ਬੱਚੇ ਦੀ ਪਹਿਲੀ ਗੁਰੂ, ਉਹ ਸਭ ਕੁਝ ਸਿਖਾਉਂਦੀ ਹੈ, ਤੇ ਉਹਦੇ ਨਕਸ਼ੇ ਕਦਮ ਤੇ ਜੇ ਬੱਚਾ ਚੱਲੇ ਤਾਂ ਸਕਸੈਸ ਹੋ ਸਕਦਾ। ਠੀਕ ਹੈ ਸਰ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮੈਮ ਜਦੋਂ ਯੂਨੀਵਰਸਿਟੀ ਦੇ ਵਿੱਚ ਜਵਾਕ ਆਉਂਦੇ ਨੇ, ਸਟੂਡੈਂਟ ਆਉਂਦੇ ਨੇ, ਤਾਂ ਅਕਸਰ ਗੱਲਾਂ ਚੱਲਦੀਆਂ ਹੋਣੀਆਂ ਇਸ ਧਰਤੀ ਦੀਆਂ, ਇਸ ਜਗ੍ਹਾ ਦੀਆਂ। ਹਾਂਜੀ ਸਰ, ਸਾਨੂੰ ਲੋਕੀ ਕਹਿੰਦੇ ਤੁਸੀਂ ਬੜੇ ਬੜੇ ਭਾਗੇ ਹੋ ਜਿਹੜੇ ਇਸ ਧਰਤੀ ਤੋਂ, ਸਭ ਤੋਂ ਮਹਿੰਗੀ ਧਰਤੀ ਗਿਣੀ ਜਾਂਦੀ ਹੈ, ਇੱਥੇ ਤੁਸੀਂ ਰਹਿ ਰਹੇ ਹੋ, ਤਾਂ ਅਸੀਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਹਾਂ। ਔਰ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਦੱਸਦੇ ਹਾਂ ਕਿ ਉਹ ਜਿਹੜੇ ਗੁਰੂਆਂ ਨੇ ਸਾਡੇ ਜਿਹੜੇ ਕਦਮਾਂ 'ਤੇ ਉਹ ਚੱਲੇ ਨੇ, ਉਹਨਾਂ 'ਤੇ ਸਾਡੇ ਬੱਚੇ ਚੱਲਣ ਤਾਂ ਅੱਗੇ ਜਾ ਕੇ ਸਕਸੈਸ ਹੋਣਗੇ। ਤੇ ਇਤਿਹਾਸ ਨੂੰ ਉਹਨਾਂ ਨੂੰ ਜਾਣੂ ਕਰਨਾ ਬਹੁਤ ਜ਼ਰੂਰੀ ਹੈ। ਇਤਿਹਾਸ ਨਾਲ ਜਾਣੂ ਹੋਣਗੇ ਤਾਂ ਹੀ ਉਹਨਾਂ ਦੇ ਗੁਰੂਆਂ ਦੇ ਨਕਸ਼ੇ ਕਦਮ 'ਤੇ ਚੱਲ ਸਕਣਗੇ। ਅਕਸਰ ਟੀਚਰਾਂ ਦੇ ਨਾਲ ਅਸੀਂ ਵੀ ਗੱਲਾਂ ਪੈ ਜਾਂਦੇ ਸੀ ਕਿ ਉਹ ਦਿਨ ਕਿਹੋ ਜਿਹੇ ਸੀ, ਉਹ ਦਿਨ, ਉਹ ਉਹਨਾਂ ਦੇ ਜਿਹੜੀਆਂ ਕਿ ਜ਼ਰੂਰਤਾਂ ਕਿੰਨੀਆਂ ਸੀਗੀਆਂ ਉਹ ਛੋਟੇ ਸਾਹਿਬਜ਼ਾਦਿਆਂ ਦੀਆਂ। ਤਾਂ ਜਦੋਂ ਉਹ ਗੱਲਾਂ ਕਰਦੇ ਸੀ ਤਾਂ ਮਨ ਭਰ ਆਉਂਦਾ ਸੀ। ਬਰਾਗ ਦੇ ਵਿੱਚ ਅੱਖਾਂ ਵੀ
ਨਮ ਹੋ ਜਾਂਦੀਆਂ ਸੀ। ਇਹ ਕਦੇ ਹੋਇਆ ਤੁਹਾਡੇ ਨਾਲ, ਜਿਵੇਂ ਤੁਸੀਂ ਕਈ ਵਾਰ ਸਟੂਡੈਂਟਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਗੱਲ ਕਰਦੇ ਹੋ? ਹਾਂਜੀ ਸਰ, ਫੀਲਿੰਗਸ ਅਸੀਂ ਆਪਣੇ ਆਪ ਦੇ ਅੰਦਰ ਮਹਿਸੂਸ ਕਰਦੇ ਹਾਂ। ਅਸੀਂ ਤਾਂ ਮਤਲਬ ਕਿਨਕਾਂ ਪਰ ਵੀ ਨਹੀਂ ਹੈ ਉਹਦੇ ਅੱਗੇ, ਜਿਹੜੀ ਗੁਰਬਾਣੀਆਂ ਉਹਨਾਂ ਨੇ ਕੀਤੀਆਂ ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਪਰ ਅਸੀਂ ਬੱਚਿਆਂ ਨੂੰ ਜ਼ਰੂਰ ਸਿੱਖਿਆ ਜ਼ਰੂਰ ਦਿੰਦੇ ਹਾਂ ਕਿ ਤੁਸੀਂ ਜੇ ਆਪਾਂ ਕੋਈ ਮਾਡਲ ਰੱਖਣੇ ਆ, ਰੋਲ ਰੱਖਣੇ ਆ, ਕਿ ਆਪਾਂ ਉਹਦੇ ਨਜ਼ਦੀਕ ਪਹੁੰਚਣਾ ਜੇ ਕੋਸ਼ਿਸ਼ ਕਰਾਂਗੇ ਤਾਂ ਥੋੜ੍ਹਾ ਜਿਹਾ ਤਾਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਆਪਾਂ ਕਰ ਹੀ ਸਕਦੇ ਹਾਂ। ਤੇ ਹੋ ਵੀ ਸਕਦਾ ਹੈ ਕਿ ਆਪਾਂ ਕਰੀਬ ਪਹੁੰਚੀਏ, ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਇੱਥੋਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਪਿੱਛੇ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਟੀਮ ਆ ਗੱਤਕੇ ਦੀ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਕੌਮ ਜਿਹੜੀ ਕਿ ਸ਼ਾਸਤਰਾਂ 'ਚੋਂ ਜੰਮੀ ਆ ਅਤੇ ਸ਼ਾਸਤਰਾਂ 'ਚ ਹੀ ਇਹਨੇ ਮਰ ਮਿਟ ਜਾਣਾ। ਤਾਂ ਇਹ ਸ਼ਾਸਤਰ ਨੇ, ਕੋਸ਼ਿਸ਼ ਕਰਾਂਗੇ ਜਾਣਨ ਦੀ ਇਹਨਾਂ ਸ਼ਾਸਤਰਾਂ ਦੇ ਬਾਰੇ, ਇਹਨਾਂ ਨੂੰ ਕੀ ਕੀ ਕਿਹਾ ਜਾਂਦਾ ਹੈ ਸ਼ਾਸਤਰਾਂ ਦੀ ਜੋ ਇੱਥੇ ਹੈ। ਇਸ ਭਾਈ ਸ਼ਸਤਰ ਸਿੰਪਲ ਮੈਨੂੰ ਇਦਾਂ ਤੇ ਪਤਾ ਵਾ ਕਿ ਕਿਰਪਾਨ ਮੇਰੇ ਉਸਤਾਦ ਜੀ ਉਹਨਾਂ ਨੂੰ ਸਾਰਾ ਪਤਾ ਵਾ, ਇਹਨਾਂ ਸ਼ਸਤਰਾਂ ਦੇ ਨਾਮ ਬਹੁਤ ਗੁੱਝੇ ਆ। ਕਿੱਥੇ ਨੇ ਉਸਤਾਦ ਜੀ ਤੁਹਾਡੇ? ਉਸਤਾਦ ਜੀ ਲਾਗੇ ਨਾਲ ਹੀ ਆ ਜੀ। ਬੁਲਾ ਲਿਓ ਥੋੜਾ ਜਿਹਾ, ਆਪਾਂ ਕਰ ਲਈਏ ਗੱਲਬਾਤ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਾਸਤਰਾਂ ਦੇ ਬਾਰੇ ਬਹੁਤ ਕੁਝ ਜਿਹੜਾ ਕਿ ਸਾਹਮਣੇ ਆਉਂਦਾ ਰਿਹਾ। ਇਹਨਾਂ ਸ਼ਾਸਤਰਾਂ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਨੇਜ਼ਾ, ਕਿਰਪਾਨ, ਜਿਹੜੇ ਕਿ ਆਮ ਲੋਕਾਂ ਨੂੰ ਬਹੁਤ ਥੋੜੇ ਸ਼ਾਸਤਰਾਂ ਦਾ ਪਤਾ ਹੁੰਦਾ, ਪਰ ਇੱਥੇ ਤਾਂ ਬਹੁਤ ਜ਼ਿਆਦਾ ਪਏ ਨੇ। ਮੈਡਮ ਸ਼ਾਸਤਰਾਂ ਬਾਰੇ ਦੱਸ ਦਿਓ ਸਾਰਾ, ਆਪਣੇ ਕਿਹੜੇ ਕਿਹੜੇ ਸ਼ਾਸਤਰ ਨੇ? ਹਾਂਜੀ, ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕੀਆਂ ਜਿੰਦਾਂ ਵੱਡੇ ਛੱਕੇ ਜੋ ਇਹਦੇ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ। ਇਹ ਜੋ ਤੁਸੀਂ ਟੀਮ ਦੇਖ ਰਹੇ ਹੋ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਜੋ ਅਧੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਆਉਂਦੀ ਹੈ, ਉੱਥੇ ਦੇ ਸਾਰੇ ਵਿਦਿਆਰਥੀ ਹਨ। ਜਿੱਥੇ ਸਿੰਘ ਜ਼ੋਰ ਦਿਖਾ ਰਹੇ ਨੇ, ਉਹਦੇ ਸਿੰਘੜੀਆਂ ਵੀ ਜਿਹੜੇ ਸਾਡੀ ਸਿੱਖ ਮਾਰਸ਼ਲ ਆਰਟ ਗੱਤਕਾ ਹੈ ਉਹਦਾ ਜਿਹੜਾ ਕਰਤੱਵ ਦਿਖਾ ਰਹੇ ਨੇ। ਤੇ ਸ਼ਸਤਰਾਂ ਦੀ ਤੁਸੀਂ ਗੱਲ ਕੀਤੀ, ਇਹਦੇ ਵਿੱਚ ਸ਼ਸਤਰ ਜਿਹੜੇ ਹੈਗੇ ਨੇ ਉਹ ਅਲੱਗ-ਅਲੱਗ ਪ੍ਰਕਾਰ ਦੇ ਸ਼ਸਤਰ ਹੈਗੇ ਜਿਹੜੇ ਪੁਰਾਤਨ ਸਾਡੇ ਸ਼ਸਤਰ ਹੁੰਦੇ ਸੀ। ਜਿੱਦਾਂ ਮੈਂ ਸ਼ਸਤਰਾਂ ਦੇ ਇੱਕ ਸਵਈਏ ਦੀ ਗੱਲ ਕਰਾਂ, ਅਸਕਰ, ਬਾਣ, ਖੰਡੋ, ਖੜਕ, ਤੁਬਕ, ਤਬਰ, ਤੀਰ, ਸਹਿਬ, ਸਰੋਹੀ, ਸੈਥੀ, ਇਹ ਹਮਾਰੇ ਪੀਰ। ਗੁਰੂ ਸਾਹਿਬ ਨੇ ਇਹਨਾਂ ਨੂੰ ਪੀਰ ਦਾ ਦਰਜਾ ਦਿੱਤਾ ਹੈਗਾ। ਸੋ ਜਿੱਥੇ ਗੁਰੂ ਸਾਹਿਬ ਨੇ ਭਗਤੀ ਦੀ ਗੱਲ ਕੀਤੀ ਹੈ, ਉੱਥੇ ਸ਼ਕਤੀ ਦੀ ਵੀ ਗੱਲ ਕੀਤੀ ਹੈ। ਮੀਰੀ ਤੇ ਪੀਰੀ ਤਲਵਾਰਾਂ ਦਾ ਵੀ ਜਿਹੜਾ ਹੈਗਾ ਅਰਥ ਇਹੀ ਸੀ ਵੀ ਜਿੱਥੇ ਸਿੱਖਾਂ ਨੇ ਨਾਮ ਬਾਣੀ ਕਰਨੀ ਹੈ ਤਾਂ ਉੱਥੇ ਇਸ ਦੇ ਨਾਲ ਜਿਹੜਾ ਹੈਗਾ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਬਿਲਕੁਲ। ਜਿਵੇਂ ਸ਼ਾਸਤਰਾਂ ਦੇ ਉੱਪਰ ਅਕਸਰ ਸਵਾਲ ਉੱਠਦੇ ਨੇ ਕਿ ਇਹ ਸ਼ਾਸਤਰਾਂ ਦੀ ਪ੍ਰਦਰਸ਼ਨੀ ਕਰਦੇ ਨੇ, ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਅਜਿਹੇ ਟਵੀਟ ਵੀ ਆਉਂਦੇ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਜਿਹੜੇ ਅਜਿਹੇ ਬਿਆਨ ਦੇ ਦਿੰਦੇ ਨੇ ਜਾਂ ਅਜਿਹਾ ਕੁਝ ਬੋਲ ਜਾਂਦੇ ਨੇ? ਦੇਖੋ ਜੀ, ਜੇਕਰ ਤੁਸੀਂ ਕੋਈ ਕੰਮ ਕਰੋਗੇ ਤਾਂ ਤੁਹਾਡੇ ਵਿਰੋਧੀ ਤਾਂ ਹੋਣਗੇ, ਕੋਈ ਵੀ ਫੀਲਡ ਹੈ, ਠੀਕ ਹੈ ਜੀ। ਇਸ ਕਰਕੇ ਸਿੱਖ ਕੌਮ ਦੇ ਜਿਹੜਾ ਹੈਗਾ ਵਿਰੋਧ ਸ਼ੁਰੂ ਤੋਂ ਹੁੰਦਾ ਹੈ, ਕੋਈ ਨਵੀਂ ਗੱਲ ਨਹੀਂ ਹੈਗੀ, ਠੀਕ ਹੈ। ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਇਹ ਸੰਕਲਪ ਬਖਸ਼ਿਆ ਹੈਗਾ ਵੀ ਜਿੱਥੇ ਅਸੀਂ ਬਾਣੀ ਪੜ੍ਹਨੀ ਹੈ, ਬਾਣੀ ਦੇ ਨਾਲ ਜਿਹੜੀ ਹੈਗੀ ਅਸੀਂ ਸ਼ਸਤਰ ਵਿਦਿਆ ਵੀ ਜਿਹੜੀ ਹੈਗੀ ਨਾਲ ਲਿਖਣੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੁਕਮ ਹੈ ਵੀ ਸ਼ਸਤਰ ਵਿਦਿਆ, ਕਿਉਂਕਿ ਸਿੱਖ ਧਰਮ ਦੇ ਵਿੱਚ ਜੇ ਦੇਖੀਏ ਤਾਂ 6ਵੇਂ ਪਾਤਸ਼ਾਹ ਤੋਂ ਸ਼ਸਤਰ ਵਿਦਿਆ ਦੀ ਸ਼ੁਰੂਆਤ ਹੋਈ ਹੈ। ਕਿਉਂਕਿ ਉਹਨਾਂ ਨੂੰ 2 ਤਲਵਾਰਾਂ ਜੋ ਧਾਰਨ ਕਰਾਈਆਂ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀਆਂ, ਠੀਕ ਹੈ। ਕਿਉਂਕਿ ਵਿਰੋਧੀ ਤਾਂ ਦੇਖੋ ਅਕਸਰ ਕੋਈ ਵੀ ਕੰਮ ਕਰਦੇ ਉੱਥੇ ਵਿਰੋਧ ਤਾਂ ਹੁੰਦਾ ਹੀ ਹੈ, ਪਰ ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਹੈਗੇ, ਠੀਕ ਹੈ। ਸਾਡਾ ਜੋ ਗੁਰੂ ਸਾਹਿਬ ਦਾ ਸੰਕਲਪ ਹੈ ਇਸ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ, ਇਹ ਚੱਲਦਾ ਰਹੇਗਾ ਤੇ ਅੱਗੇ ਵੀ ਚੱਲ ਰਿਹਾ ਹੈ, ਆਉਣ ਵਾਲੇ ਟਾਈਮ 'ਚ ਵੀ ਚੱਲਦਾ ਰਹੇਗਾ ਜੀ। ਜੀ ਬਿਲਕੁਲ ਜੀ। ਤਾਂ ਬਹੁਤ ਬਹੁਤ ਧੰਨਵਾਦ। ਅਸੀਂ ਇੱਧਰਲੇ ਪਾਸੇ ਚੱਲਦੇ ਹਾਂ। ਕਿੰਨੀ ਕੁ ਮੁਸ਼ਕਿਲ ਆ ਰਹੀ ਆ ਸੰਗਤ ਨੂੰ ਕੰਟਰੋਲ ਕਰਨ ਦੇ ਵਿੱਚ? ਸਰ ਬਹੁਤ ਆ ਰਹੀ ਹੈ, ਕਈ ਤਾਂ ਸੁਣਦੇ ਵੀ ਨਹੀਂ ਹੈਗੇ, ਜਿੱਦਾਂ ਅਸੀਂ ਕਈ ਜਾਣੇ ਕਿ ਪਿੱਛੇ ਹੋ ਜਾ ਹੁੰਦੇ ਹੀ ਨਹੀਂ ਹੈਗੇ ਸਰ, ਬਹੁਤ ਜ਼ਿਆਦਾ ਆ ਰਹੀ ਹੈ। ਕਿਹੜੇ ਥਾਂ ਤੋਂ ਦੱਸੋ? ਸਰ ਮੈਂ ਤਾਂ ਵੈਸੇ ਫਤਿਹਗੜ੍ਹ ਸਾਹਿਬ ਤੋਂ ਹੀ ਆ ਲੋਕਲ, ਬਟ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟਸ ਹਾਂ। ਤੇ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੇ ਸਟੂਡੈਂਟਾਂ ਨਾਲ ਗੱਲ ਕਰੀ ਜਾਵੇ। ਅਸੀਂ ਵੀ ਸਟੂਡੈਂਟ ਰਹੇ ਹਾਂ ਇੱਥੋਂ ਦੇ ਕਦੇ। ਅੱਛਾ ਜੀ, ਹਾਂਜੀ ਸਰ, ਅਸੀਂ ਬਹੁਤ ਜ਼ਿਆਦਾ ਸਾਡੀ ਸਰ ਲੱਗੀ ਹੋਈ ਹੈ, ਅਸੀਂ ਕੈਂਪ ਲੱਗਿਆ ਹੋਇਆ 7 ਦਿਨ ਦਾ ਹੀ ਲੱਗਿਆ ਹੋਇਆ ਸਰ ਅਸੀਂ, ਤੇ ਸਰ ਅਸੀਂ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਹੁਣ ਦਿੱਕਤਾਂ ਆਉਂਦੀਆਂ ਨੇ, ਕੈਂਪਾਂ ਕੂੰਪਾਂ 'ਚ ਘਰ ਦੇ ਮਨਾ ਕਰ ਦਿੰਦੇ ਨੇ ਵੀ ਨਹੀਂ ਜਾਣਾ ਹੈਗਾ, ਕਦੇ ਕੋਈ ਅਜਿਹੀ ਮੁਸ਼ਕਲ ਤਾਂ ਨਹੀਂ ਆਈ ਤੁਹਾਨੂੰ? ਨਹੀਂ ਸਰ, ਮੈਨੂੰ ਨਹੀਂ ਆਈ, ਕਿਉਂਕਿ ਸਰ ਮੈਂ ਇੱਥੇ ਦੀ ਆ, ਫਤਿਹਗੜ੍ਹ ਸਾਹਿਬ ਦੀ ਹਾਂ, ਤੇ ਮੇਰੇ ਘਰਦਿਆਂ ਨੂੰ ਪਤਾ ਹੈ ਕਿ ਇੱਥੇ ਦਾ, ਉਹਨਾਂ ਨੂੰ ਸਾਰਾ ਪਤਾ ਹੈ, ਜਿੱਦਾਂ ਛੋਟੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਨੂੰ ਸਭ ਕੁਝ ਪਤਾ ਹੈ, ਤੇ ਉਹਨਾਂ ਨੇ ਮੈਨੂੰ ਕੋਈ ਰੋਕ ਟੋਕ ਨਹੀਂ ਕੀਤੀ। ਜਿੱਦਾਂ ਅਸੀਂ ਸਵੇਰੇ ਸਾਨੂੰ ਖੁਦ ਛੱਡ ਕੇ ਜਾਂਦੇ ਨੇ, ਖੁਦ ਲੈ ਕੇ ਜਾਂਦੇ ਨੇ ਸਰ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਅਮਲੋਹ ਤੋਂ ਹਾਂ ਸਰ। ਅਸੀਂ ਕੀ ਕਹਿੰਦੇ ਨੇ ਉਰੇ ਡੇਲੀ ਅਪ ਡਾਊਨ ਕਰਦੇ ਹਾਂ, ਯੂਨੀਵਰਸਿਟੀ 'ਚ ਪੜ੍ਹਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ।
ਸਰ ਸਾਨੂੰ ਬਹੁਤ ਮਾਣ ਆ, ਅਸੀਂ ਸ਼ਹੀਦਾਂ ਦੀ ਧਰਤੀ 'ਤੇ ਉਰੇ ਪੜ੍ਹਦੇ ਹਾਂ। ਸਾਨੂੰ ਉਰੇ ਘਰ ਦੇ ਭੇਜਦੇ ਨੇ, ਸਾਨੂੰ ਸਾਡੇ ਘਰ ਦੇ ਕਹਿੰਦੇ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਕਈਆਂ ਨੂੰ ਅਲਾਓ ਨਹੀਂ ਕਰਦੇ ਗਰਲਜ਼ ਨੂੰ, ਤੇ ਉਰੇ ਹੋਸਟਲ ਪ੍ਰੋਵਾਈਡ ਕਰਦੇ ਨੇ ਜਦੋਂ ਕੈਂਪ ਲੱਗਦਾ ਆ। ਤੇ ਨਾਈਟ ਦੀ ਡਿਊਟੀ ਨਹੀਂ ਜੇ ਅਲਾਓ ਕਰਦੇ ਘਰ ਤਾਂ ਅਪ ਡਾਊਨ ਵੀ ਕਰ ਸਕਦੇ ਹਾਂ ਆਪਾਂ। ਤੇ ਸਾਨੂੰ ਸਾਡੇ ਪੇਰੈਂਟਸ ਕਹਿੰਦੇ ਨੇ ਸਾਨੂੰ ਆਪਾਂ ਸ਼ਹੀਦਾਂ ਦੀ ਧਰਤੀ ਰਹਿੰਦੇ, ਸਾਨੂੰ ਸ਼ਹਾਦਤ ਦੀ ਧਰਤੀ 'ਤੇ ਸੇਵਾ ਕਰਨੀ ਚਾਹੀਦੀ ਆ, ਤਾਂ ਹੀ ਭੇਜਦੇ ਨੇ ਸਾਨੂੰ। ਤੇ ਸਾਨੂੰ ਬਹੁਤ ਮਾਣ ਆ, ਅਸੀਂ ਹਿੱਸਾ ਬਣ ਰਹੇ ਹਾਂ ਇੱਥੇ ਸ਼ਹਾਦਤ ਦੀ ਧਰਤੀ ਦਾ। ਜੀ ਬਿਲਕੁਲ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਚੱਲ ਕੇ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਇਕੱਲੇ ਪੱਖ ਤੋਂ ਜਿਹੜੀ ਕਿ ਗੱਲ ਕਰਨੀ ਚਾਹਾਂਗੇ। ਤਾਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਸ ਦੇ ਉੱਪਰ ਸਲੋਗਨ ਲਿਖੇ ਗਏ ਨੇ, ਇਹਨਾਂ ਫੱਟਿਆਂ ਦੇ ਉੱਪਰ ਜੋ ਸਲੋਗਨ ਲਿਖੇ ਗਏ ਨੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਤਾਂ ਇਹ ਉਹਨਾਂ ਬੀਬੀਆਂ ਦੇ ਲਈ ਵੀ ਸਲੋਗਨ ਲਿਖੇ ਗਏ ਨੇ ਜਿਹੜੀਆਂ ਸੱਸਾਂ ਬਣ ਜਾਂਦੀਆਂ ਨੇ। ਸੱਸਾਂ ਬਣ ਕੇ ਫਿਰ ਨੂੰਹ ਨੂੰ ਕਹਿੰਦੀਆਂ ਨੇ ਕਿ ਮੁੰਡਾ ਹੋਣਾ ਚਾਹੀਦਾ, ਕੁੜੀ ਨਹੀਂ ਹੋਣੀ ਚਾਹੀਦੀ। ਤਾਂ ਜੋ ਉਹ ਇਹ ਗੱਲਾਂ ਦੇਖ ਲੈਣ ਕਿ ਇਹ ਨੌਜਵਾਨ ਕੁੜੀਆਂ ਇਸ ਧਰਤੀ ਤੇ ਨੇ ਜੋ ਇੱਥੇ ਸੇਵਾ ਕਰ ਰਹੀਆਂ ਨੇ। ਤਾਂ ਅਸੀਂ ਚੱਲਦੇ ਹਾਂ ਅੱਗੇ, ਪ੍ਰੋਫੈਸਰ ਸਾਹਿਬ ਖੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਜਗ੍ਹਾ ਤੇ ਪੜ੍ਹੇ ਆ, ਮਾਤਾ ਗੁਜਰੀ ਕਾਲਜ ਦੇ ਵਿੱਚ ਪੜ੍ਹ ਕੇ ਗਏ ਆ। ਅੱਜ ਬੜਾ ਵਧੀਆ ਲੱਗ ਰਿਹਾ ਕਿ ਸਟੂਡੈਂਟਾਂ ਨੂੰ ਅਸੀਂ ਪੁੱਛ ਰਹੇ ਹਾਂ ਕਿ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਇੱਥੇ ਸੇਵਾ ਕਰਕੇ, ਕੀ ਕੁਝ ਸਾਹਮਣੇ ਆ ਰਿਹਾ। ਤੁਸੀਂ ਆਈ ਵਾਰ ਇੱਥੇ ਦੇਖਦੇ ਹੋ ਸਰ, ਮਤਲਬ ਕਿੰਨੀਆਂ ਕਿ ਜਿਹੜੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨਾ ਕਿ ਜਿਹੜਾ ਕਿ ਕੌਮ ਜਾਂ ਸਟੂਡੈਂਟਾਂ ਨੂੰ ਜਾਂ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ, ਜਾਂ ਕਿੰਨਾ ਕੁ ਤੁਸੀਂ ਦੱਸਦੇ ਰਹਿੰਦੇ ਹੋ। ਦੇਖੋ, ਯੂਨੀਵਰਸਿਟੀ ਵੱਲੋਂ ਅਸੀਂ ਹਰ ਇੱਕ ਜਿਹੜੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਆ, ਗੁਰੂ ਸਾਹਿਬਾਨ ਦੇ ਸ਼ਹੀਦੀ ਪੁਰਬ ਆ, ਜਾਂ ਹੋਰ ਸਿੱਖੀ ਨਾਲ ਜਿਹੜੇ ਸੰਬੰਧਿਤ ਦਿਹਾੜੇ ਆ, ਅਸੀਂ ਯੂਨੀਵਰਸਿਟੀ ਵਿੱਚ ਹਰ ਵਾਰੀ ਲਗਾਤਾਰ ਮਨਾਉਂਦੇ ਆ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਇਤਿਹਾਸ ਨਾਲ ਜਾਣੂ ਕਰਾਈਏ। ਉਸ ਤੋਂ ਇਲਾਵਾ ਅਸੀਂ ਸਾਰੇ ਕੋਰਸਾਂ ਦੇ ਵਿੱਚ ਸਾਰੇ ਬੱਚਿਆਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਬਾਰੇ ਇੱਕ ਪੇਪਰ ਬੱਚਿਆਂ ਨੂੰ ਪਾਸ ਕਰਨਾ ਪੈਂਦਾ ਆ, ਔਰ ਸਾਰੇ ਬੱਚੇ ਕੰਪਲਸਰੀ ਪੇਪਰ ਪੜ੍ਹਦੇ ਆ। ਉਸ ਤੋਂ ਇਲਾਵਾ ਅਸੀਂ ਪੰਜਾਬੀ ਦਾ ਵਿਸ਼ਾ ਜਿਹੜਾ ਆ ਸਾਰੇ ਕਲਾਸਾਂ ਵਾਸਤੇ ਲਾਗੂ ਕੀਤਾ ਆ। ਹਰ ਇੱਕ ਸਮੈਸਟਰ ਦੇ ਵਿੱਚ ਬੱਚੇ ਪੰਜਾਬੀ ਦਾ ਵਿਸ਼ਾ ਪੜ੍ਹਦੇ ਆ। ਤੇ ਸਿੱਖ ਇਤਿਹਾਸ ਬਾਰੇ ਵੀ ਅਸੀਂ ਬੱਚਿਆਂ ਨੂੰ ਵੈਲਿਊ ਐਡਿਡ ਕੋਰਸਿਸ ਦੇ ਵਿੱਚ ਪੜ੍ਹਾਉਂਦੇ ਆ। ਤੇ ਉਸ ਤੋਂ ਇਲਾਵਾ ਅਸੀਂ ਇੱਕ ਗੱਤਕੇ ਦਾ ਡਿਪਲੋਮਾ ਸ਼ੁਰੂ ਕੀਤਾ ਹੈ ਯੂਨੀਵਰਸਿਟੀ ਦੇ ਵਿੱਚ, ਜਿਹਦੇ ਵਿੱਚ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਤੇ 30 ਸੀਟਾਂ ਦੇ ਨਾਲ ਇੱਕ ਸਾਡਾ ਕੋਰਸ ਬਹੁਤ ਸਫਲਤਾਪੂਰਵਕ ਚੱਲ ਰਿਹਾ ਆ। ਉਸ ਤੋਂ ਇਲਾਵਾ 100 ਅੰਮ੍ਰਿਤਧਾਰੀ ਬੱਚੀਆਂ ਜਿਹੜੀਆਂ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਆ, ਇਹਨਾਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਆ। ਯੂਨੀਵਰਸਿਟੀ ਦੀ ਫੀਸ, ਹੋਸਟਲ ਦੀ ਰਿਹਾਇਸ਼ ਤੇ ਹੋਸਟਲ ਦੇ ਖਾਣੇ ਦਾ ਕੋਈ ਖਰਚਾ ਨਹੀਂ ਲੈਂਦਾ ਬੱਚਿਆਂ ਤੋਂ। ਤੇ ਇਹਨਾਂ ਬੱਚਿਆਂ ਨੂੰ ਸਵੇਰ ਤੇ ਸ਼ਾਮ ਦਾ ਨਿਤਨੇਮ ਕਰਵਾਇਆ ਜਾਂਦਾ ਹੈ, ਤਾਂ ਕਿ ਇਹ ਸਾਡੇ ਇੱਕ ਦੂਤ ਵਜੋਂ ਸੰਗਤ ਦੇ ਵਿੱਚ ਵਿਚਰ ਸਕਣ। ਇਹ ਦਾੜਿਆਂ ਤੇ ਇਹ ਝੰਡੇ ਬੁੰਗਿਆਂ ਤੇ ਕਈ ਵਾਰ ਸਵਾਲ ਖੜੇ ਹੋ ਜਾਂਦੇ ਹੁੰਦੇ ਨੇ। ਅੱਜ ਉਹੀ ਕੇਸਰੀ ਨਿਸ਼ਾਨ ਤੇ ਉਹੀ ਦਾੜੇ ਖੁੱਲੇ ਇਹਨਾਂ ਨੂੰ ਮਿਲ ਰਹੇ ਨੇ। ਅੱਜ ਕੀ ਕਹਿਣਾ ਚਾਹੋਗੇ ਜਿਹੜੇ ਇਹ ਜਿਹੇ ਸਵਾਲ ਖੜੇ ਕਰਦੇ ਨੇ? ਦੇਖੋ, ਇਹ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ ਜਿਹੜੇ ਸਵਾਲ ਖੜਾ ਕਰਦੇ ਆ। ਕਿਤੇ ਨਾ ਕਿਤੇ ਉਹ ਸਿੱਖੀ ਦੇ ਵਿੱਚੋਂ ਵਿਸ਼ਵਾਸ ਲੋਕਾਂ ਦਾ ਹਟਾਉਣਾ ਚਾਹੁੰਦੇ ਆ। ਤੇ ਝੰਡੇ ਬੁੰਗੇ ਜਾਂ ਸਰੋਵਰ ਸਾਡੇ ਜਿਹੜੇ ਆ, ਜਾਂ ਤੀਰਥ ਸਥਾਨ ਆ, ਗੁਰਦੁਆਰਾ ਸਾਹਿਬਾਨ ਆ, ਤੇ ਉਹਦੇ ਵਿੱਚ ਸੰਗਤ ਦੀ ਆਸਥਾ ਰਹੀ ਆ ਤੇ ਰਹੇਗੀ। ਤੇ ਉਹਦਾ ਇੱਕ ਪ੍ਰਤੱਖ ਪ੍ਰਮਾਣ ਇਹ ਆ ਕਿ ਸ਼ਹੀਦੀ ਸਭਾ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਆ। ਇਹ ਸੰਗਤ ਹਰ ਸਾਲ ਵੱਧ ਰਹੀ ਆ। ਤਾਂ ਇਹਦਾ ਮਤਲਬ ਜੋ ਉਹ ਮੁੱਠੀ ਭਰ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਦੇ ਵਿਰੁੱਧ ਪ੍ਰਚਾਰ ਕਰਦੇ ਆ, ਤੇ ਉਹ ਅਲੱਗ ਥਲੱਗ ਆ, ਤੇ ਉਹਨਾਂ ਦਾ ਪ੍ਰਚਾਰ ਦਾ ਸੰਗਤ 'ਤੇ ਅਸਰ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੀ ਆਸਥਾ ਜਿਹੜੀ ਗੁਰੂ ਸਾਹਿਬ 'ਤੇ ਅਟੁੱਟ ਹੈ। ਇਹ ਵੀ ਕਿਹਾ ਜਾਂਦਾ ਕਿ ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨੇ ਚਾਹੀਦੇ ਸੀ ਉਹ ਕਰ ਨਹੀਂ ਪਾਈ, ਪਰ ਅੱਜ ਅਸੀਂ ਇਸੇ ਕਰਕੇ ਤੁਹਾਡੇ ਕੋਲ ਆਏ ਹਾਂ ਕਿ ਅਦਾਰੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਦੇ ਵਿੱਚ। ਕਿੰਨਾ ਕੁ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਕੋਲ ਜਿਹੜੇ ਆਰਥਿਕ ਸਾਧਨ ਆ ਉਹ ਸੀਮਤ ਆ। ਸੰਗਤ ਦੀ ਜਿਹੜਾ ਚੜਾਵਾ ਆ ਉਹਦੇ ਨਾਲ ਹੀ ਉਹਨਾਂ ਕੋਲ ਜਿਹੜਾ ਪੈਸਾ ਆਉਂਦਾ ਆ। ਉਹਦੇ ਬਾਵਜੂਦ ਲੰਗਰ ਦਾ ਪ੍ਰਬੰਧ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਅਕਾਦਮਿਕ ਪ੍ਰਬੰਧ ਜਿਹੜਾ ਆ, ਵਿੱਦਿਆ ਪ੍ਰਦਾਨ ਕਰ ਰਹੀ ਆ। ਕਾਫੀ ਬੱਚਿਆਂ ਨੂੰ ਮੁਫਤ ਵਿੱਦਿਆ ਦੀ ਸਹੂਲਤ ਦੇ ਰਹੀ ਆ। ਉਸ ਤੋਂ ਇਲਾਵਾ ਕੋਈ ਵੀ ਸਮਾਜਿਕ ਆਫਤਾ ਆ ਜਾਵੇ ਤਾਂ ਉਹਦੇ ਵਿੱਚ ਵੀ ਜਿਹੜੀ ਆ SGPC ਵੱਧ ਚੜ੍ਹ ਕੇ ਹਿੱਸਾ ਲੈਂਦੀ ਆ, ਤੇ ਹੋਰ ਸਿੱਖ ਕੌਮ ਦੇ ਸਾਰੇ ਮਸਲਿਆਂ ਵਾਸਤੇ ਜਿਹੜੀ ਆ ਉਹ
ਮੇਰੇ ਖਿਆਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਮੇਂ ਪਹਿਲਕਦਮੀ ਕੀਤੀ ਜਾਂਦੀ ਆ। ਸੋ ਕੁਝ ਲੋਕ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਜ਼ਿਸ਼ ਦੇ ਤਹਿਤ, ਤਾਂ ਉਹ ਨਹੀਂ ਹੋਣਾ ਚਾਹੀਦਾ। ਜੇ ਕੋਈ ਕਮੀਆਂ ਵੀ ਮਹਿਸੂਸ ਹੁੰਦੀਆਂ ਤਾਂ ਸਾਨੂੰ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇੰਨੀਆਂ ਕੁਰਬਾਨੀਆਂ ਤੋਂ ਬਾਅਦ ਜੋ ਸੰਸਥਾ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਨੂੰ ਸਾਰਿਆਂ ਨੂੰ ਉਹਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਕਿ ਪ੍ਰੋਫੈਸਰ ਸਾਹਿਬਾਨ ਸੀ, BC ਸਾਹਿਬਾਨ ਸੀ, ਪ੍ਰਿੰਸੀਪਲ ਸਾਹਿਬਾਨ ਸੀ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਦੇ ਸਟੂਡੈਂਟਾਂ ਦੇ ਨਾਲ ਵੀ ਗੱਲ ਕਰੀ ਆ। ਪਰ ਤੁਹਾਨੂੰ ਇੱਕ ਨਜ਼ਾਰਾ ਹੋਰ ਦਿਖਾ ਦਿੰਨੇ ਆ ਇਸ ਸ਼ਹੀਦੀ ਸਭਾ ਦੇ ਵਿੱਚ। ਉਹ ਕੀ ਆ ਕਿ ਪਿੱਛੇ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਕਿ ਪਾਰਟੀ ਦੇ ਬੰਦੇ ਪਹੁੰਚੇ ਨੇ, ਉਹਨਾਂ ਦੇ ਵੱਲੋਂ ਇਹ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਲੋਕ ਸਭਾ ਦੇ ਵਿੱਚ ਖੜੀਆਂ ਹੋਈਆਂ, ਜੋ ਤਸਵੀਰਾਂ ਦੀ ਗੱਲ ਲੋਕ ਸਭਾ ਦੇ ਵਿੱਚ ਗੱਲ ਕੀਤੀ ਗਈ। ਸਿੱਧੂ ਮੂਸੇਵਾਲਾ, ਸ਼ੁਭਦੀਪ ਸਿੰਘ ਦੀਪ ਸਿੱਧੂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਜੀਤ ਸਿੰਘ ਨਿੱਜਰ, ਤਾਂ ਉਹਨਾਂ ਦੀਆਂ ਤਸਵੀਰਾਂ ਨੂੰ ਲੈ ਕੇ ਅੱਜ ਇਸ ਸਭਾ ਦੇ ਵਿੱਚ ਇੱਕ ਹਿੱਸਾ ਬਣੇ ਨੇ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਸਾਂਝਾ ਹੋ ਰਿਹਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਪਹਿਲਾਂ ਹੀ ਕਿਹਾ ਸੀ ਕਿ ਹਰ ਪੱਖ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਹਰ ਪੱਖ ਤੋਂ ਤੁਹਾਨੂੰ ਦਿਖਾਵਾਂਗੇ ਕਿ ਇਸ ਸਭਾ ਦੇ ਵਿੱਚ ਕਿਹੜੀਆਂ ਜਿਹੜੀਆਂ ਕਿ ਸਾਹਮਣੇ ਆ ਰਿਹਾ ਹੈਗਾ ਜੋ ਕੁਝ ਵੀ ਆ। ਤਾਂ ਮਾਨ ਸਿੰਘ ਮਾਨ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦੀ ਸਭਾ ਦੇ ਵਿੱਚ ਇਹਨਾਂ ਬਾਈ ਦੀਪ ਸਿੱਧੂ ਮੂਸੇਵਾਲੇ ਹੋਰਾਂ ਦੀ ਤਸਵੀਰ ਜਿਹੜੀ ਕਿ ਲੋਕ ਸਭਾ ਦੇ ਵਿੱਚ ਬੋਲਣ ਤੋਂ ਮਾਨ ਸਾਹਿਬ ਨੂੰ ਰੋਕ ਦਿੱਤਾ ਗਿਆ ਸੀ, ਟੋਕ ਦਿੱਤਾ ਗਿਆ ਸੀ। ਅੱਜ ਫਿਰ ਇਸ ਸਭਾ ਦੇ ਵਿੱਚ ਇਹ ਤਸਵੀਰਾਂ ਲੈ ਕੇ ਖੜੇ ਹੋਏ ਆ ਜਿੱਥੇ ਸਾਹਿਬਜ਼ਾਦਾ ਜ਼ੋਰਾ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਹੋਈ ਹੈ। ਇੱਕ ਮੁਗਲ ਹਕੂਮਤ ਜਿਸ ਨੇ ਬਹੁਤ ਗਲਤ ਤਰੀਕੇ ਨਾਲ ਉਹਨਾਂ ਨੂੰ ਫੜ ਕੇ ਬੇਕਾਨੂੰਨ ਕਤਲ ਕੀਤਾ ਸੀਗਾ, ਉਹ ਹਾਲਾਤ ਸਿੱਖ ਕੌਮ ਦੀ ਇਸ ਹਕੂਮਤ 'ਚ ਫਿਰ ਆ ਰਹੀ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੇਕਸੂਰ ਸਿੱਖਾਂ ਨੂੰ ਕਤਲੇਆਮ 1984 ਦਾ ਕਰਦੇ ਆਏ ਆ, ਪੰਜਾਬ 'ਚ ਪੁਲਿਸ ਨੇ ਕੀਤਾ ਔਰ ਇਸ ਤੋਂ ਇਲਾਵਾ ਬਾਹਰਲੇ ਦੇਸ਼ਾਂ 'ਚ ਹੁਣ ਇਹ ਕਤਲ ਕਰਨ ਲੱਗ ਪਏ ਆ। ਸੋ ਅਸੀਂ ਆਪਣੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨੰਦੇ ਨਜ਼ਰ ਰੱਖ ਕੇ ਅਸੀਂ ਅੱਜ ਇਹਨਾਂ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਭਾਰਤ ਦੀ ਹਕੂਮਤ ਨੇ ਉਸੇ ਤਰ੍ਹਾਂ ਕੋ ਕੇ ਮਾਰਿਆ ਜਿਸ ਤਰ੍ਹਾਂ ਮੁਗਲ ਹਕੂਮਤ ਨੇ ਕੀਤਾ ਸੀ। ਲੱਗਦਾ ਵੀ ਅੱਜ ਇਹ ਜਾਇਜ਼ ਸੀ ਇਸ ਜਗ੍ਹਾ ਤੇ ਇਹਨਾਂ ਦੀਆਂ ਤਸਵੀਰਾਂ ਲਾਉਣੀਆਂ ਅੱਜ ਜਾਇਜ਼ ਮੰਨੀਆਂ ਗਈਆਂ ਨੇ, ਕਿਉਂਕਿ ਕਈ ਵਿਰੋਧੀ ਪਾਰਟੀਆਂ ਇਹ ਵੀ ਸਵਾਲ ਖੜੇ ਕਰਨੇ ਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਥਾਂ ਤੇ ਇਹਨਾਂ ਦੀਆਂ ਤਸਵੀਰਾਂ ਕਿਉਂ ਲਗਾਈਆਂ ਗਈਆਂ। ਵੈਸੇ ਤਾਂ ਅਸੀਂ ਤਾਂ ਬਾਣੀ ਦੇ ਉਪਾਸ਼ਕ ਹੈ, ਤੁਰਕੀ ਬਾਣੀ ਆਈ ਉਹਦੇ ਸੋਚ ਅਧੀਨ ਫੋਟੋਆਂ ਤਾਂ ਵੈਸੇ ਹੀ ਬੈਨ ਹੈ, ਪਰ ਅਸੀਂ ਦੇਖਦੇ ਹਾਂ SGPC ਦੇ ਵਿੱਚ ਇਹਨਾਂ ਨੇ ਵੱਖ-ਵੱਖ ਪਤਾ ਨਹੀਂ ਕਿਹਦੀ ਸ਼ਕਲ ਪਾ ਕੇ ਗੁਰੂ ਸਾਹਿਬਾਨ, ਕਿਹਦੀ ਸ਼ਕਲ ਪਾ ਕੇ ਸਾਹਿਬਜ਼ਾਦਿਆਂ ਦੀ ਇਹਨਾਂ ਨੇ ਫੋਟੋ ਲਾਈ ਹੋਈ ਹੈ। ਅਸੀਂ ਸਮਝਦੇ ਹਾਂ ਕਿ ਜਿਹੜੀਆਂ ਫੋਟੋਆਂ ਹੈ ਇਹ SGPC ਨੇ ਜਿਹੜੀ ਪ੍ਰਮੋਸ਼ਨ ਕੀਤੀ ਹੈ ਇਹਦੀ, ਇਹ ਸਿੱਖੀ ਦੇ ਬਰਖਲਾਫ ਹੈ, ਪਰ ਇਹ ਇਨਸਾਨ ਅਸਲ 'ਚ ਇੱਥੇ ਜਿਉਂਦੇ ਸੀਗੇ ਜਿਨ੍ਹਾਂ ਨੂੰ ਭਾਰਤ ਨੇ ਮਾਰਿਆ। ਅਸੀਂ ਇਸ ਕਰਕੇ ਉਸ ਨੂੰ ਸ਼ਹਾਦਤ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੰਦੇ ਨਜ਼ਰ ਰੱਖਦੇ ਹੋਏ ਅੱਜ ਜੋ ਹਕੂਮਤਾਂ ਜ਼ੁਲਮ ਕਰ ਰਹੀਆਂ ਉਹਨਾਂ ਨੂੰ ਯਾਦ ਕਰਕੇ ਅਸੀਂ ਇਹਨਾਂ ਦੀਆਂ ਫੋਟੋ ਨਾਲ ਤੁਰ ਰਹੇ ਹਾਂ। ਇਹ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ, ਜਾਇਜ਼ ਮੰਨਦੇ ਹੋ ਖਾਲਿਸਤਾਨ ਜਿੰਦਾਬਾਦ ਕਹਿਣਾ? ਇਹ ਧਰਤੀ ਉਹ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਖਾਲਸਾ ਰਾਜ ਸਥਾਪਿਤ ਕੀਤਾ ਸੀ, ਜਿੱਥੇ ਜ਼ਿਮੀਂਦਾਰਾਂ ਨੂੰ ਆਪਣੇ ਜ਼ਮੀਨ ਵਾਹੁਣ ਦਾ ਹੱਕ ਦਿੱਤਾ ਸੀਗਾ ਔਰ ਨਾਨਕਸ਼ਾਹੀ ਸਿੱਕਾ ਉਰੇ ਛਾਪਿਆ ਗਿਆ ਸੀਗਾ। ਅੱਜ ਇਹ ਹਕੂਮਤ ਸਾਡੇ ਉੱਤੇ, ਕੇਜਰੀਵਾਲ ਕਹਿੰਦਾ ਹੈ ਕਿ ਅਸੀਂ ਸਤਿਕਾਰਯੋਗ ਹਿੰਦੂ ਧਰਮ ਦੀ ਲక్ష్ਮੀ ਮਾਤਾ ਜੀ ਦੀ ਫੋਟੋ ਨੋਟਾਂ ਤੇ ਲਾਉਣਾ ਹੈ, ਤੇ ਇਹ ਜਿਹੜੀ ਬੁੱਤ ਪੂਜਾ ਤੇ ਇਹ ਜਿਹੜੀ ਸੋਚ ਹੈ ਇਹ ਸਿੰਘ ਸਭਾ ਨੇ ਸਾਡੇ ਗੁਰੂ ਘਰਾਂ ਚੋਂ ਕੱਢੀ ਸੀ। ਸੋ ਅਸੀਂ ਸਮਝਦੇ ਹਾਂ ਕਿ ਇੱਥੇ ਖਾਲਿਸਤਾਨ ਦੀ ਮੰਗ ਜ਼ਰੂਰੀ ਹੈ, ਕਿਉਂਕਿ ਸਾਡੇ ਉੱਤੇ ਹਿੰਦੂ ਰਾਸ਼ਟਰ ਲਾਗੂ ਕੀਤਾ ਜਾ ਰਿਹਾ ਹੈਗਾ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੁਰੂ ਸਾਹਿਬ ਦਾ ਵਚਨ ਸੀ ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਉਹਦਾ ਪ੍ਰਗਟਾਵਾ ਹੋਏ ਤੇ ਖਾਲਸਾ ਰਾਜ ਹੋਵੇ। ਖਾਲਸਾ ਰਾਜ ਦੀ ਗੱਲ ਕਰੀ ਹੈ, ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਸੀ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਸੀ, ਪਰ ਉਹਨਾਂ ਨੇ ਤਾਂ ਕਦੇ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਕਰੀ। ਜੇਕਰ ਇਤਿਹਾਸ ਨੂੰ ਫਰੋਲਦੇ ਹਾਂ, ਬਾਚਦੇ ਹਾਂ, ਸਾਡੀ ਸਮਝ 'ਚ ਉਹ ਖਾਲਸਾ ਰਾਜ ਖਾਲਸਾਸਤਾਨ ਹੀ ਸੀਗਾ। ਤੁਸੀਂ ਕਿਸੇ ਹੋਰ ਨਾਮ ਜਾਣਦੇ ਹੋਵੋਗੇ, ਤੁਸੀਂ ਉਹਦੇ ਨਾਲ ਲੈ ਲਓ, ਪਰ ਸਾਨੂੰ ਤਾਂ ਜਿਹੜੀ ਸੋਚ ਖਾਲਸਾਈ ਹੈ ਉਸ ਅਧੀਨ ਜਿਹੜੇ ਰਾਜ ਹੋਏ ਆ ਉਹ ਸਾਨੂੰ ਖਾਲਿਸਤਾਨ ਦੇ ਰੂਪ 'ਚ ਨਜ਼ਰ ਆਉਂਦੇ ਆ। ਤਾਂ
ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਦੇ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਬਾਹਰਲੇ ਮੁਲਕਾਂ ਵਿੱਚ ਇੰਡੀਆ ਵਿੱਚ ਕਤਲ ਕੀਤੇ ਗਏ ਸਿਰਕੱਢ ਸਿੱਖ। ਤਾਂ ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆ। ਤਾਂ ਅਸੀਂ ਤੁਹਾਡੇ ਨਾਲ ਜਿਹੜੀ ਕਿ ਇੱਕ ਤਸਵੀਰ ਹੋਰ ਪਿੱਛੇ ਚੱਲ ਕੇ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡਾ ਇਹ ਬਣਦਾ ਕਿ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰੀਏ, ਕਿਉਂਕਿ ਇੱਥੇ ਲੰਗਰਾਂ ਦੀਆਂ ਤਸਵੀਰਾਂ ਬੜੀਆਂ ਦਿਖਾ ਦਿੱਤੀਆਂ ਜਾਂਦੀਆਂ, ਇੱਥੇ ਹੋਰ ਕੁਝ ਬੜਾ ਦਿਖਾ ਦਿੱਤਾ ਜਾਂਦਾ, ਪਰ ਜਿਹੜੀਆਂ ਇਹ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਜ਼ਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਸ ਧਰਤੀ ਤੇ ਜਿਹੜਾ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜ ਰਹੇ ਨੇ, ਪਰ ਜਦੋਂ ਸਵਾਲ ਕਰੀਦੇ ਨੇ ਪਤਾ ਨਹੀਂ ਕਿਉਂ ਅਜਿਹਾ ਕੁਝ ਹੋ ਜਾਂਦਾ। ਪਰ ਚਲੋ ਅਸੀਂ ਤੁਹਾਨੂੰ ਤਸਵੀਰ ਜਿਹੜੀ ਕਿ ਅੱਗੇ ਚੱਲ ਕੇ ਦਿਖਾਉਣੇ ਆ। ਇਹ ਨਿਹੰਗ ਸਿੰਘਾਂ ਦੇ ਜ਼ੋਰ ਨੇ। ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਦੁਨੀਆ ਹੁੰਦੀ ਆ, ਹਰ ਇੱਕ ਤਰ੍ਹਾਂ ਦੇ ਜਿਹੜੇ ਕਿ ਲੋਕ ਹੁੰਦੇ ਨੇ ਇਹਨਾਂ ਇਕੱਠਾਂ ਦੇ ਵਿੱਚ, ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਦਿਖਾ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ। ਜੀ ਕੁਝ ਬੋਲਣਾ? ਤੁਹਾਡੇ ਮਾਧਿਅਮ ਰਾਹੀਂ ਜਿਹੜਾ ਤੁਹਾਡਾ ਚੈਨਲ ਆ, ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਭਗਵੰਤ ਮਾਨ ਵੀ ਜਿਹੜਾ ਚਿੱਟਾ ਵਿਕਦਾ ਨਾ, ਚਿੱਟਾ ਵਿਕਦਾ ਉਹ ਚਿੱਟਾ ਬੰਦ ਕਰ ਦੇ, ਨਹੀਂ ਤੇਰੀ ਨਾਥਾਂ ਧੂਆਂ ਕਰ ਦਿਆਂਗੇ। ਚਿੱਟਾ ਬੰਦ ਕਰਾਉਣਾ ਤੁਸੀਂ ਸਰਕਾਰ ਜੀ। ਇਹਨਾਂ ਸਿੰਘ ਸਾਹਿਬ ਦੀ ਅਪੀਲ ਆ ਕਿ ਚਿੱਟਾ ਬੰਦ ਹੋ ਜਾਏ। ਇਹ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਜ਼ੋਰ ਨੇ। ਇਹ ਜੋ ਜ਼ੋਰ ਦਿਖਾਏ ਜਾਂਦੇ ਨੇ ਗੱਤਕੇ ਦੇ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਸ ਸ਼ਾਸਤਰਾਂ ਦੇ ਉੱਤਰ ਕਾਫੀ ਸਵਾਲ ਖੜੇ ਹੁੰਦੇ ਨੇ, ਕਾਫੀ ਕੁਝ ਜਿਹੜਾ ਕਿ ਬੋਲਿਆ ਜਾਂਦਾ ਸ਼ਾਸਤਰਾਂ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਫਤਿਹ ਸਿੰਘ ਜੀ ਦਾ ਪੰਥ ਚਲਾਇਆ ਹੋਇਆ ਜੀ, ਬਾਬਾ ਬੁੱਢਾ ਦਲ। ਬਾਕੀ ਸਾਡੇ ਜਥੇਦਾਰ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸ਼ਾਸਤਰ ਵਿਦਿਆ ਇਹ ਬਾਬਾ ਬੁੱਢਾ ਜੀ ਦੀ ਦੇਣ ਆ ਜੀ। ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਨੇ ਬਚਨ ਕੀਤੇ ਸੀਗੇ ਵੀ ਮਹਾਰਾਜ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜੀ ਕਹਿੰਦੇ ਸਨ ਵੀ ਮਹਾਰਾਜ ਕਹਿੰਦੇ ਸ਼ਾਸਤਰ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਿਹੜਾ ਇਹ ਰਾਜ ਆ ਇਹ ਸ਼ਾਸਤਰਾਂ ਦੇ ਅਧੀਨ ਆ, ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੂੰ ਵਰਦਾਨ ਬਾਬਾ ਬੁੱਢਾ ਜੀ ਨੇ ਜਿਸ ਸਮੇਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ, ਉਸ ਸਮੇਂ ਬਾਬਾ ਬੁੱਢਾ ਜੀ ਨੂੰ ਦੇਖ ਕੇ ਛੇਵੇਂ ਪਾਤਸ਼ਾਹ ਖੁਸ਼ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਬੁੱਢਿਆ ਇਹ ਕਿੰਨੀ ਫੌਜ ਲੈ ਕੇ ਆਇਆ? ਵੀ ਜ਼ਿਆਦਾ ਸੀ ਗਵਾਲੀਅਰ ਦੇ ਕਿਲੇ 'ਚ ਆਏ ਸੀ, ਉਸ ਸਮੇਂ 18,000 ਤੇਰੇ ਕੋਲ ਫੌਜ ਛੱਡ ਕੇ ਆਏ ਸੀ, ਅੱਜ ਤੂੰ 32,000 ਫੌਜਾਂ ਦਾ ਇਕੱਠ ਲੈ ਕੇ ਆਇਆ। ਉਹਨਾਂ ਤੋਂ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਚਨ ਕੀਤੇ ਸੀ ਵੀ
ਧੰਨ ਧੰਨ ਬਾਬਾ ਬੁੱਢਾ ਜੀ ਆਪ ਜੀ ਦੇ ਨਾਂ ਤੇ ਦਲ ਪੰਥ ਚੱਲੇਗਾ, ਜਿਸ ਦਾ ਨਾਂ ਬੁੱਢਾ ਦਲ ਹੋਵੇਗਾ। ਜਾਵੇ ਬਾਬਾ ਬੁੱਢਾ ਜੀ ਦੇ ਮਨ ਨੂੰ ਪਾਵੇ। ਸਤਿ ਸ੍ਰੀ ਅਕਾਲ। ਇਹ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਸ਼ਾਸਤਰ ਵਿੱਦਿਆ ਤੇ ਘੋੜ ਸਵਾਰੀ ਦੀ ਦਾਤ ਬਖਸ਼ੀ। ਅੱਜ ਉਹੀ ਮਰਿਆਦਾ ਨਿਹੰਗ ਸਿੰਘ ਸਾਂਭੀ ਬੈਠੇ ਨੇ, ਜੋ ਕਿ ਹਰ ਸਾਲ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਰਦੇ ਹੋਏ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਅਖਾੜਾ ਗੁਰੂ ਦੀਆਂ ਲਾਡਲੀਆਂ ਫੌਜਾਂ ਇੱਥੇ ਹਾਜ਼ਰੀ ਭਰਨ ਆਉਂਦੀਆਂ ਨੇ, ਜਿਨ੍ਹਾਂ ਦਾ ਮਿਸ਼ਨ ਹੈ ਸ਼ਾਸਤਰ ਵਿੱਦਿਆ ਤੇ ਘੋੜ ਸਵਾਰੀ, ਗੁਰਬਾਣੀ ਸੰਥਿਆ ਤੇ ਬਾਣੀ ਬਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਗੱਜ ਗੱਜ ਕਰੇ ਜਾਵੇ ਨਾਲ ਹੋ ਜਾਵੇ ਪੁੱਤਰਾ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਵੇ। ਸਤਿ ਸ੍ਰੀ ਅਕਾਲ। ਅਸੀਂ ਤੁਹਾਨੂੰ ਇਹ ਜੌਹਰ ਅੱਜ ਗੱਤਕੇ ਦੇ ਜਿਹੜੇ ਇੱਥੇ ਨਿਹੰਗ ਸਿੰਘਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ, ਤੁਹਾਡੇ ਤੱਕ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰਾਂਗੇ। ਇਹ ਤਸਵੀਰਾਂ ਤਾਂ ਤੁਸੀਂ ਦੇਖੋਗੇ ਕਿ ਇਹ ਤਸਵੀਰਾਂ ਦੇ ਜ਼ਰੀਏ ਖੁੰਡਿਆਂ ਹੋਈਆਂ ਕਿਰਪਾਨਾਂ ਕਿਵੇਂ ਉਦੋਂ ਜ਼ਾਲਮ ਦੀਆਂ ਗਰਦਨਾਂ ਤੇ ਬਰੀਆਂ ਤੇ ਕਿਵੇਂ ਉਦੋਂ ਜ਼ਾਲਮ ਨੂੰ ਜਿਹੜਾ ਕਿ ਜਨੇ ਚਵਾਏ ਖੁੰਡਿਆਂ ਹੋਈਆਂ ਕਿਰਪਾਨਾਂ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਜਿਹੜੀਆਂ ਕਿ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। CBSE ਬੋਰਡ ਦੇ ਜਿਹੜੇ ਸਟੂਡੈਂਟ ਨੇ, ਅਕੈਡਮੀ ਆ, ਇਸੇ ਅਕੈਡਮੀ ਦੀ ਨੇ ਇਹ ਅਕੈਡਮੀ ਹੈ ਜੀ ਬਹਾਦਰਗੜ੍ਹ ਜੀ। ਹਾਂਜੀ, ਇਹ ਛੋਟੇ ਛੋਟੇ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? LKG। ਅੰਗਰੇਜ਼ੀ ਪੜ੍ਹਦੇ ਹੋ? ਕਿੰਨੀ ਉਮਰ ਆ? ਕਿੰਨੇ ਈਅਰ ਦੇ ਹੋ? 4 ਸਾਲ ਦਾ। 4 ਸਾਲ ਦੇ। ਤਾਂ ਇਹ ਛੋਟੇ ਛੋਟੇ ਬੱਚੇ ਨੇ, ਤੁਹਾਡੇ ਨਾਲ ਆਏ ਨੇ ਜੀ ਇਹ? ਹਾਂਜੀ ਹਾਂਜੀ। ਇਹਨਾਂ ਨੂੰ ਜਦੋਂ ਤੁਸੀਂ ਸਜਾਇਆ ਇਸ ਤਰ੍ਹਾਂ ਦਮਾਲੇ ਸਜਾਏ ਗਏ, ਜੋੜਿਆ ਸਾਹਿਬ ਪਾਏ ਗਏ, ਤਾਂ ਅੱਜ ਦੀਆਂ ਇਹ ਤਸਵੀਰਾਂ ਬਹੁਤ ਜਿਹੜੀਆਂ ਕਿ ਖਿੱਚ ਦਾ ਕੇਂਦਰ ਬਣੀਆਂ ਨੇ ਸੰਗਤਾਂ ਦੀਆਂ। ਦਿਲ ਦੇ ਵਿੱਚ ਕੀ ਆ ਰਿਹਾ ਸੀ ਉਦੋਂ? ਅੱਖਾਂ ਦੇ ਮੂਹਰੇ ਕੀ ਆ ਰਿਹਾ ਸੀ? ਹਾਂਜੀ, ਉਦੋਂ ਅੱਖਾਂ ਦੇ ਮੂਹਰੇ ਕੀ ਭਾਵਨਾਵਾਂ ਆ ਰਹੀਆਂ ਸੀ ਜਦੋਂ ਦਮਾਲੇ ਸਜਾ ਰਹੇ ਸੀ? ਜੋੜਾ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਆ। ਬਿਲਕੁਲ। ਤਾਂ ਇਹ ਤਸਵੀਰਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਪੁੱਤ? 5th 5th 'ਚ? ਹੈ 1st 7th 1st 4th 1st। ਅੱਛਾ, 1st 'ਚ ਹੋ। ਕਿੰਨੀ ਉਮਰ ਆ? 8। ਅੱਛਾ, ਇਹ ਤੁਹਾਡੇ ਨਾਲ ਆਏ ਨੇ ਜੀ? ਜਦੋਂ ਇਹਨਾਂ ਨੂੰ ਸਜਾਇਆ, ਇਹਨਾਂ ਦੇ ਦਮਾਲੇ ਸਜਾਏ, ਚੋਲਾ ਸਾਹਿਬ ਪਾਏ ਗਏ, ਤਾਂ ਇੱਧਰ ਨੂੰ ਰਵਾਨਾ ਹੋਣਾ ਸੀ, ਤਾਂ ਮਨ ਦੇ ਵਿੱਚ ਭਾਵਨਾਵਾਂ ਕੀ ਉੱਠ ਰਹੀਆਂ ਸੀਗੀਆਂ? ਤੁਸੀਂ ਪ੍ਰਿੰਸੀਪਲ ਮੈਮ ਨਾਲ ਗੱਲ ਕਰ ਲਓ ਜੀ। ਪ੍ਰਿੰਸੀਪਲ ਮੈਂ ਹੈਗੇ ਹੋ। ਅੱਛਾ, ਬੱਚਿਆਂ ਦੇ ਮੰਮੀ ਨਾਲ ਗੱਲ ਕਰੀਏ? ਇਹਨਾਂ ਨਾਲ ਜੀ। ਜਦੋਂ ਇਹਨਾਂ ਨੂੰ ਤੁਸੀਂ ਇੱਧਰ ਸਜਾ ਕੇ ਲਿਆ ਰਹੇ ਸੀ, ਇਹਨਾਂ ਛੋਟੇ ਬੱਚਿਆਂ ਨੂੰ ਫਰਜ਼ੰਦਾਂ ਦੀ ਯਾਦ ਆ ਰਹੀ ਹੋਣੀ ਆ, ਸਾਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਜਿਹੜਾ ਕਿ ਉਹ ਮਨਾਇਆ ਜਾ ਰਿਹਾ, ਉਦੋਂ ਦਿਲ ਦੇ ਵਿੱਚ, ਮਨ ਦੇ ਵਿੱਚ ਕੀ ਆ ਰਿਹਾ ਸੀ ਜਾਂ ਅੱਖਾਂ ਦੇ ਸਾਹਮਣੇ ਕੀ ਆ ਰਿਹਾ ਸੀ? ਉਦੋਂ ਉਹੀ ਟਾਈਮ ਯਾਦ ਆਉਂਦਾ ਕਿ ਹਾਂ ਵੀ ਸਾਡੇ ਆਪਣੇ ਛੋਟੇ ਛੋਟੇ ਬੱਚੇ ਨੇ। ਮੇਰੀ ਗੁੜੀਆ 8 ਸਾਲ ਦੀ,
ਮੈਂ ਉਸ ਟਾਈਮ ਵੀ ਜਦੋਂ ਇਹਨੂੰ ਤਿਆਰ ਕਰਦੀ ਤਾਂ ਮੈਂ ਇਹੀ ਸੋਚਦੀ ਹਾਂ ਕਿ ਉਹ ਮਾਤਾ ਗੁਜਰੀ ਨੇ ਕਿਵੇਂ ਤਿਆਰ ਕੀਤੇ ਹੋਣਗੇ, ਉਹ ਰਾਤ ਕਿਵੇਂ ਗੁਜ਼ਾਰੀ ਹੋਏਗੀ, ਕਿਉਂਕਿ ਇੰਨੀ ਠੰਡ 'ਚ ਵੀ ਜਦੋਂ ਮੈਂ ਇਹਨੂੰ ਲੈ ਕੇ ਆਉਂਦੀ ਹਾਂ ਤਾਂ ਵੀ ਮੇਰੇ ਮਨ ਜਾਂਦਾ ਕਿ ਹਾਏ ਇੰਨੀ ਠੰਡ ਹੈ। ਤੇ ਫਿਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਜੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਜੋੜਦੇ ਰਹਾਂਗੇ, ਠੀਕ ਹੈ ਨਾ ਜੀ, ਤਾਂ ਹੀ ਅਸੀਂ ਉਹਨਾਂ ਦੇ ਸਦਕਾ ਅੱਜ ਅਸੀਂ ਜਾਣੇ ਪਛਾਣੇ ਜਾਂਦੇ ਹਾਂ। ਤੇ ਇਹਦਾ ਅਸੀਂ ਸਿਜਦਾ ਕਰਨ ਆਉਂਦੇ ਹਾਂ, ਇਸੇ ਕਰਕੇ ਅਸੀਂ ਇਹਨਾਂ ਨੂੰ ਤਿਆਰ ਕਰਦੇ ਹਾਂ ਉਨੇ ਹੀ ਚਾਵਾਂ ਤੇ ਉਨੇ ਹੀ ਪਿਆਰ ਨਾਲ। ਪੂਰਾ ਸਾਲ ਅਸੀਂ ਇਸ ਦਿਨ ਦਾ ਇੰਤਜ਼ਾਰ ਕਰਦੇ ਹਾਂ। ਸਾਰੇ ਸਕੂਲਾਂ 'ਚ ਛੁੱਟੀਆਂ ਹੁੰਦੀਆਂ, ਸਾਡੇ ਸਕੂਲ 'ਚ ਇਸ ਰਾਤ ਅਸੀਂ ਸਾਰੇ ਬੱਚਿਆਂ ਨੂੰ ਨਾਈਟ ਸਟੇ ਕਰਾਉਂਦੇ ਹਾਂ ਤੇ ਸਵੇਰੇ ਇੱਥੇ ਲਿਆ ਕੇ ਸਿਜਦਾ ਕਰਕੇ ਫਿਰ ਛੁੱਟੀਆਂ ਕਰਾਂਗੇ। ਹੁਣ ਅਸੀਂ ਤਾਂ ਤਸਵੀਰਾਂ ਦੇਖ ਕੇ ਥੋੜਾ ਜਿਹਾ ਮਨ ਹੈ ਜਿਹੜਾ ਉਹ ਭਾਵੁਕ ਹੋਇਆ। ਤਾਂ ਅਸੀਂ ਤੁਹਾਡੇ ਨਾਲ ਕਾਫੀ ਕੁਛ ਜਿਹੜਾ ਕਿ ਸਾਂਝਾ ਕਰ ਰਹੇ ਹਾਂ। ਸੂਰਮਾ ਤੁਸੀਂ ਦੇਖ ਸਕਦੇ ਹੋ ਤਾਂ ਪੁਰਜਾ ਪੁਰਜਾ ਕੱਟ ਮਾਰੈ ਕਬੂ ਨਾ ਛਾੜੈ ਖੇਤ। ਇਹ ਵੀ ਗੁਰਬਾਣੀ ਦੀਆਂ ਤੁਕਾਂ ਨੇ। ਤਾਂ ਅਸੀਂ ਤੁਹਾਡੇ ਨਾਲ ਅੱਜ ਇਹ ਤਸਵੀਰ ਪੂਰੇ ਜਾਹੋ ਜਲਾਲ ਦੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਅੱਜ ਦੇ ਦਿਨ ਇੱਥੇ ਅਰਦਾਸਾਂ ਹੋ ਰਹੀਆਂ ਨੇ, ਭੋਗ ਨੇ ਜਿਹੜੇ ਉਹ ਪਾਏ ਜਾ ਰਹੇ ਨੇ। ਤਾਂ ਪੂਰੇ ਪੰਜਾਬ ਕੀ ਪੂਰੀ ਦੁਨੀਆ 'ਚੋਂ ਇਸ ਜਗ੍ਹਾ ਤੇ ਸੰਗਤ ਪਹੁੰਚੀ ਆ। ਇਸ ਜਗ੍ਹਾ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਛੋਟੇ ਫਰਜ਼ੰਦਾਂ ਨੇ ਸਿੱਖੀ ਦੀਆਂ ਨੀਹਾਂ ਪੱਕੀਆਂ ਕਰਤੀਆਂ ਸੀ। ਜਦੋਂ ਕੰਧ ਗੋਡਿਆਂ ਤੱਕ ਪਹੁੰਚਦੀ ਆ ਤਾਂ ਜ਼ਾਲਮ ਹਕੂਮਤ ਦੇ ਵੱਲੋਂ ਕਿਹਾ ਜਾਂਦਾ ਕਿ ਇੱਟ ਨਹੀਂ ਉੱਥੋਂ ਕੱਢਣੀ, ਉੱਥੋਂ ਕੋਈ ਮੋਗਾ ਨਹੀਂ ਰੱਖਣਾ, ਉੱਥੋਂ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਚੱਪਣੀਆਂ ਨੇ ਉਹਨਾਂ ਨੂੰ ਲਾਹ ਦਿੱਤਾ ਜਾਂਦਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਨਗਾਰੇ ਵੱਜਦੇ ਦਿਖਾ ਦੇ ਇੱਕ ਵਾਰ। ਇਹ ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਨਗਾਰੇ। ਇਹ ਜੁਗਾਂ ਜੁਗਾਂ ਤੱਕ ਗੂੰਜਦੇ ਰਹਿਣੇ ਆ। ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਅੱਜ ਮੰਤਵੀ ਬਿਗਲ ਵਜਾਉਣ ਵਾਲੇ ਨਗਾਰਿਆਂ ਨੂੰ ਜ਼ਰੂਰ ਸੁਣ ਲੈਣ। ਜੇਕਰ ਆਵਾਜ਼ ਨਹੀਂ ਸੁਣਦੀ ਤਾਂ ਅਸੀਂ ਸੁਣਾਉਣ ਦੀ ਕੋਸ਼ਿਸ਼ ਕਰ ਦਿੰਦੇ ਹਾਂ।
ਆਵਾਜ਼ ਆ। ਜਿਹੜੇ ਕਹਿੰਦੇ ਸੀ ਕਿ ਮੰਤਵੀ ਬਿਗਲ ਵੱਜਣੇ ਆ, ਮੰਤਵੀ ਬਿਗਲ ਵਜਾਏ ਜਾਣਗੇ, ਅੱਜ ਅਸੀਂ ਉਹ ਨਗਾਰਿਆਂ ਦੀ ਆਵਾਜ਼ ਜਿਹੜੀ ਕਿ ਸੁਣਾ ਦਿੱਤੀ ਆ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸਮਝ ਆ ਜਾਵੇ ਕਿ ਗਾਂ ਨੂੰ ਇਹ ਜਿਹੇ ਬਿਆਨ ਨਾ ਦਿੱਤੇ ਜਾਣ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਕੁਝ ਜਿਹੜਾ ਕਿ ਜ਼ਾਹਰ ਹੋਣ ਵਾਲਾ, ਉਜਾਗਰ ਹੋਣ ਵਾਲਾ, ਜੋ ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਮਿੰਟ ਆ ਜਾਣ। ਵੀ ਕੀਤੇ ਗਏ, ਕਿਹਾ ਵੀ ਗਿਆ ਕਿ ਮੰਤਵੀ ਬਿਗਲ ਵਜਾਏ ਜਾਣੇ ਨੇ। ਅੱਜ ਇਸ ਜਗ੍ਹਾ ਤੇ ਜੋ ਜਾਹੋ ਜਲਾਲ ਸੰਗਤ ਦਾ ਦੇਖਣ ਨੂੰ ਮਿਲ ਰਿਹਾ, ਉਸ ਨੂੰ ਕੀ ਮਹਿਸੂਸ ਕੀ ਕਰ ਰਹੇ ਹੋ, ਜੋ ਚੜ੍ਹਦੀ ਕਲਾ ਦਾ ਅੱਜ ਇੱਕ ਪ੍ਰਤੀਕ ਆ? ਦੇਖੋ, ਜਿਹੜਾ ਮਾਤਮ ਹੈ ਉਹ ਮੌਤ ਦਾ ਹੁੰਦਾ ਹੈ, ਸ਼ਹਾਦਤ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਸ਼ਰਧਾ ਸਤਿਕਾਰ ਦੇਣਾ ਛੋਟੇ ਸਾਹਿਬਜ਼ਾਦਿਆਂ ਨੂੰ ਹੋਰ ਗੱਲ ਹੈ, ਲੇਕਿਨ ਜਿਹੜਾ ਖਾਲਸਾ ਹੈ ਸ਼ਹਾਦਤ ਤੇ ਚੜ੍ਹਦੀ ਕਲਾ 'ਚ ਹੁੰਦਾ, ਮਾਤਮ ਨਹੀਂ ਹੁੰਦਾ। ਜਿਹੜੇ ਛੋਟੇ ਸਾਹਿਬਜ਼ਾਦੇ ਹੈ, ਜਿੱਥੇ ਮੁਗਲ ਹਕੂਮਤ ਨੇ ਜਿਹੜੇ ਕਹਿਰ ਤੇ ਜ਼ੁਲਮ ਦੇ ਹੱਦਾਂ ਬੰਨੇ ਟੱਪਤੇ, ਉੱਥੇ ਛੋਟੇ ਸਾਹਿਬਜ਼ਾਦਿਆਂ ਨੇ ਨਿਰਭੈਤਾ ਤੇ ਸੂਰਬੀਰਤਾ ਉਹਦੀ ਚੋਟੀ ਤੇ ਪਹੁੰਚ ਗਏ, ਉਹਦੇ ਸਿਖਰ ਤੇ ਪਹੁੰਚ ਗਏ। ਇਸ ਕਰਕੇ ਇਹ ਜਿਹੜਾ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅਸੀਂ ਜਿਹੜਾ ਹੈ ਦੇਖੋ, ਜਿਹੜੇ ਹੈ ਸ਼ਹਾਦਤਾਂ ਨੂੰ ਜਿਹੜਾ ਪ੍ਰਣਾਮ ਕੀਤਾ ਜਾਂਦਾ ਹੈ, ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ, ਉਹ ਜਕਾਰਿਆਂ ਤੇ ਨਗਾਰਿਆਂ ਦੀ ਗੂੰਜ ਨਾਲ ਕੀਤਾ ਜਾਂਦਾ ਹੈ। ਚਲੋ ਅੱਛੀ ਗੱਲ ਹੈ ਕਿ ਉਹਨਾਂ ਨੇ ਇਹ ਵਾਪਸ ਲੈ ਲਿਆ, ਪਰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸਿੱਖ ਇਤਿਹਾਸ ਕੀ ਹੈ, ਸਿੱਖ ਪਰੰਪਰਾਵਾਂ ਕੀ ਨੇ, ਤੇ ਜਿਹੜਾ ਹੈ ਸ਼ਹਾਦਤ ਇੱਕ ਬਹੁਤ ਉਚਾਈ ਤੇ ਮੰਨੀ ਗਈ ਹੈ ਸਿੱਖ ਧਰਮ ਦੇ ਵਿੱਚ, ਸਾਰੀ ਮਨੁੱਖਤਾ ਦੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਸੀ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮਿਲੇ ਸੀ। ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਨਾਲ ਪਹਿਲਾਂ ਹੀ ਕਿਹਾ ਸੀ ਕਿ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਹੂਬਹੂ ਉਹ ਤਸਵੀਰ ਸਾਹਮਣੇ ਆ ਰਹੀ ਆ ਕਿ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਮਾਈਆਂ ਭੈਣਾਂ ਲੜਦੀਆਂ ਹੁੰਦੀਆਂ ਸੀ, ਤਾਂ ਇਹ ਬਹੁਤ ਜ਼ਰੂਰੀ ਆ ਹਰ ਇੱਕ ਦੇ ਲਈ। ਗੱਤਕਾ ਜਿਹੜਾ ਸਿੱਖਣਾ ਬਹੁਤ ਜ਼ਰੂਰੀ ਆ। ਜਿਵੇਂ ਅੱਜ ਮਾਰਸ਼ਲ ਆਰਟ ਕਹਿ ਦਿੰਦੇ ਨੇ ਕਿ ਉਹ ਸਿੱਖਣਾ ਜ਼ਰੂਰੀ ਆ, ਤਾਂ ਇਹ ਵੀ ਬਹੁਤ ਜ਼ਰੂਰੀ ਆ। ਇਹ ਲਾਹੀ ਬਾਣੀ ਦਾ ਜਿਹੜਾ ਪ੍ਰਤੀਕ ਆ, ਲਾਹੀ ਬਾਣੀ ਜਿਹੜੀ ਕਿ ਸ਼ਕਤੀ ਦਿੰਦੀ ਆ, ਸਪਿਰਟ ਭਰਦੀ ਆ। ਕਿੰਨੇ ਸੋਹਣੇ ਲੱਗਦੇ ਨੇ, ਸਿਰਾਂ ਤੇ ਦਸਤਾਰਾਂ ਦਮਾਲੇ ਸਜੇ ਨੇ ਤੇ ਆਪਣੇ ਪੁਰਾਤਨ ਇਤਿਹਾਸ ਦੇ ਨਾਲ ਜੁੜੇ ਹੋਏ ਨੇ।
ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਤੋਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਇਹ ਤਸਵੀਰਾਂ ਤੁਹਾਨੂੰ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਦਿਖਾਵਾਂਗੇ। ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੋਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੂੰ ਅੱਜ ਮਨਾਇਆ ਜਾ ਰਿਹਾ। ਸੰਗਤਾਂ ਕਾਫੀ ਜਿਹੜੀਆਂ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਅੱਜ ਲਾਸਟ ਦਿਨ ਆ ਜਿਹੜਾ ਕਿ ਇੱਥੇ ਸਭਾ ਦਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਸਭਾ ਗੀ ਸ਼ਹੀਦੀ ਸਭਾ ਗੀ, ਜਿਸ ਸਭਾ ਦੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੀ ਹਾਲ ਹੈ ਜੀ, ਕਿਵੇਂ ਹੋ, ਠੀਕ ਹੋ? ਕਿਵੇਂ ਰਿਹਾ ਅੱਜ ਦਾ ਜੋ ਸਮਾਗਮ ਸ਼ਹੀਦੀ ਸਮਾਗਮ ਸੀਗਾ, ਉਸ ਨੂੰ ਦੇਖਦੇ ਹੋ? ਇੱਥੇ ਆਈ ਵਾਰ ਮਿਲਦੇ ਆਂਗੇ ਤੇ ਸੋਗ ਵੀ ਆ ਤੇ ਚੜ੍ਹਦੀ ਕਲਾ ਦੇ ਜੈਕਾਰੇ ਵੀ ਗੂੰਜਦੇ ਆ। ਇਹਨਾਂ ਦਿਨਾਂ ਦੇ ਵਿੱਚ ਆਪਾਂ ਕੋਈ ਜ਼ਿਆਦਾ ਕੁਝ ਬੋਲ ਨਹੀਂ ਸਕਦੇ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਨੇ ਤੇ ਸਾਰੀਆਂ ਸੰਗਤਾਂ ਵਿਰਾਗਮਈ ਢੰਗ ਦੇ ਵਿੱਚ ਇੱਥੇ ਨਤਮਸਤਕ ਹੋ ਰਹੀਆਂ ਨੇ ਤੇ ਜੈਕਾਰੇ ਗੂੰਜ ਰਹੇ ਨੇ ਸਤਿਗੁਰਾਂ ਦੀ ਕਿਰਪਾ ਦੇ ਗੈਲ। ਤੁਸੀਂ ਆ ਦੇਖਦੇ ਹੋ ਵੀ ਨਗਰ ਕੀਰਤਨ ਕੱਢੇ ਜਾ ਰਹੇ ਨੇ। ਪਾਲਕੀ ਸਾਹਿਬ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚ ਜਾਵੇਗਾ। ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਜਿਵੇਂ ਬਾਈ ਨੇ ਦੱਸਿਆ ਕਿ ਅਸੀਂ ਜ਼ਿਆਦਾ ਬੋਲ ਨਹੀਂ ਸਕਦੇ ਹੁੰਦੇ ਕਿਉਂਕਿ ਚੜ੍ਹਦੀ ਕਲਾ ਦੇ ਜੈਕਾਰੇ ਜ਼ਰੂਰ ਗੂੰਜਣਗੇ। ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਜ਼ਰੂਰ ਲੱਗਣਗੇ। ਪਿੱਛੇ ਇਹ ਗੱਲਾਂ ਚੱਲੀਆਂ ਕਿ ਇੱਥੇ ਮੰਤਵੀ ਬਿਗਲ ਵਜਾਏ ਜਾਣ। ਅੱਜ ਜਿਨ੍ਹਾਂ ਨੇ ਉਹ ਟਵੀਟ ਕਰੇ, ਜਿਨ੍ਹਾਂ ਨੇ ਉਹ ਕਈਆਂ ਗੱਲਾਂ ਜਾਂ ਜਿਨ੍ਹਾਂ ਨੇ ਉਹ ਸ਼ੇਅਰਿੰਗ ਕਰੀਆਂ, ਤਾਂ ਉਹ ਇਹ ਤਸਵੀਰ ਨੂੰ ਅੱਜ ਜ਼ਰੂਰ ਦੇਖਣ। ਇੱਥੇ ਅੱਜ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਣਗੇ। ਇੱਥੇ ਅੱਜ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਕਿ ਨਗਰ ਕੀਰਤਨ ਆ, ਇਹ ਦਰਸਾਉਂਦਾ, ਇਹ ਦੱਸਦਾ ਕਿ ਜਦੋਂ ਹਕੂਮਤ ਨੇ ਸਜ਼ਾ ਦੇਣ ਦੀ ਗੱਲ ਕੀਤੀ ਤਾਂ ਉਦੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ। ਉਦੋਂ ਛੋਟੇ ਸਾਹਿਬਜ਼ਾਦਿਆਂ ਦੇ ਵੱਲੋਂ ਵੱਡੇ ਜਿਹੜੇ ਕਿ ਸਾਕੇ ਸੀ ਉਹ ਕੀਤੇ ਗਏ। ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ ਇਸ ਧਰਤੀ ਤੇ। ਇਸ ਧਰਤੀ ਨੂੰ ਸਜਦਾ ਕਰੀਦਾ ਕਿ ਜਦੋਂ ਇੱਥੇ ਸੰਗਤ ਆਉਂਦੀ ਆ ਤਾਂ ਸੰਗਤ ਦੇ ਵੱਲੋਂ ਬਹੁਤ ਜੋਸ਼ ਦੇ ਨਾਲ, ਬਹੁਤ ਹੋਸ਼ ਦੇ ਨਾਲ ਜਿਹੜਾ ਕਿ ਇੱਥੇ ਆ ਕੇ ਮੱਥਾ ਟੇਕੀਦਾ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਦਾ। ਤਾਂ ਮੁਲਾਜ਼ਮ ਨੇ ਸਰ 3-4 ਦਿਨ ਹੋ ਗਿਆ ਲਗਾਤਾਰ ਡਿਊਟੀ ਆ। ਸੰਗਤ ਦਾ ਉਹਨਾਂ ਨਾਲ ਵੀ ਕਰ ਲਾਂਗੇ, ਤੁਸੀਂ ਵੀ ਤਾਂ ਮੁਲਾਜ਼ਮ ਸੇਵਾਦਾਰ ਨੂੰ। ਹਾਂ ਸੇਵਾਦਾਰ। ਤਾਂ ਅਸੀਂ ਇੱਧਰ ਵੀ ਚਲੋ ਇਹਨਾਂ ਦੀ ਮਜਬੂਰੀ ਹੁੰਦੀ ਆ। ਸਰ ਮਾਹੌਲ ਕਿਵੇਂ ਦਾ ਲੱਗ ਰਿਹਾ ਜਿਹੜਾ ਇੱਥੇ ਸ਼ਹੀਦੀ ਸਭਾ ਦਾ ਮਾਹੌਲ ਹੁੰਦਾ? ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਨੇ, ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ। ਵੇਖੋ ਜੀ, ਇਹ ਤੇ ਹੁਣ ਗੱਲ ਕਹਿਣ ਵਾਲੀ ਤੇ ਕਰਨ ਵਾਲੀ ਨਹੀਂ ਹੈ। ਜਿਹੜੇ ਇੱਥੋਂ ਦਾ ਇਤਿਹਾਸ ਹੈ ਉਹ ਤਾਂ ਹਰ ਸਿੱਖ ਨੂੰ ਪਤਾ ਹੈ। ਤੇ ਲੂੰ ਕੰਡੇ ਖੜੇ ਕਰਨ ਵਾਲਾ ਇਤਿਹਾਸ ਹੈ ਇੱਥੇ ਦਾ। ਆਪਣੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ 2 ਛੋਟੇ ਸਾਹਿਬਜ਼ਾਦੇ ਇੱਥੇ ਜਿਹੜੇ ਨੀਹਾਂ 'ਚ ਉਹ ਚੁਣੇ ਗਏ ਨੇ ਤੇ ਚਿਣ ਕੇ ਉਹ ਇੱਥੇ ਸ਼ਹੀਦ ਕੀਤੇ ਗਏ ਨੇ। ਉਸ ਮੌਕੇ ਦੀ ਸਰਕਾਰ ਵੱਲੋਂ ਮਾਹੌਲ ਤੇ ਹੁਣ ਲੋਕੀ ਇੱਥੇ ਜਿਹੜੀ ਵੀ ਸੰਗਤ ਆਉਂਦੀ ਆ ਬੜੀ ਸ਼ਰਧਾ ਦੇ ਨਾਲ ਆਪਣੇ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਆਉਂਦੀ ਹੈ। ਉਹਨਾਂ ਦੀਆਂ ਮਤਲਬ ਸਭਾ ਨੂੰ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਤੇ ਬੜਾ ਵਧੀਆ ਮਾਹੌਲ ਹੈ। ਲੰਗਰ ਗੁਰੂ ਮਹਾਰਾਜ ਦੇ ਪਾਤਸ਼ਾਹ ਸੰਗਤ ਨੇ ਲਾਏ ਹੋਏ ਆ ਤੇ ਬੜਾ ਵਧੀਆ ਮਾਹੌਲ ਹੈ, ਸੇਫ ਹੈ। ਕੋਈ ਦਿੱਕਤ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਜਿੱਦਾਂ ਤੁਹਾਡੀ ਡਿਊਟੀਆਂ ਲੱਗਦੀਆਂ ਨੇ, ਆਈ ਵਾਰ ਤੁਸੀਂ ਇੱਥੇ ਆਉਂਦੇ ਹੋ, ਕੋਈ ਅਜਿਹੀ ਸ਼ਰਾਰਤੀ ਅਨਸਰ ਵੀ ਕਈ ਵਾਰ ਵੜ ਜਾਂਦੇ ਨੇ ਅਜਿਹੇ ਇਕੱਠਾਂ ਦੇ ਵਿੱਚ ਜੀ ਜਦੋਂ ਇੱਥੇ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਜਿਹੜਾ ਕਿ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ? ਵੇਖੋ ਜੀ, ਇੱਕ ਚੀਜ਼ ਜਿਹੜੀ ਹੋ ਜਾਣੀ ਨਾ, ਇੱਕ ਪਾਸਾ ਪਲਟ ਜਾਣਾ, ਉਹ ਤਾਂ ਯੁੱਗ ਪਲਟਣ ਦੇ ਪ੍ਰਤੀਕ ਹੁੰਦਾ। ਜੇ ਇੱਥੇ ਮੰਨ ਲਓ ਦੁਨੀਆ ਤੇ ਇੱਕ ਬੰਦਾ ਵੀ ਕਿਸੇ ਦੂਜੇ ਕਿਸਮ ਦਾ ਹੈਗਾ ਤੇ ਉਹ ਮਤਲਬ ਹੁੰਦਾ ਵਾ। ਜੇ ਮੰਨ ਲਓ ਸਾਰੇ ਸੰਤੀ ਬਣ ਗਏ ਇੱਥੇ ਤੇ ਯੁੱਗ ਪਲਟੀ ਹੋ ਜਾਣਾ। ਜੇ ਸਾਰੇ ਚੋਰ ਬਣ ਗਏ ਤਾਂ ਵੀ ਯੁੱਗ ਪਲਟੀ ਹੋ ਜਾਣਾ। ਹਰ ਤਰ੍ਹਾਂ ਦੀ ਦੁਨੀਆ ਇੱਥੇ ਆਉਂਦੀ ਹੈ, ਠੀਕ ਨਹੀਂ? ਚੋਰ ਵੀ ਆਸਤਾ ਲੈ ਕੇ ਆਉਂਦਾ ਵੀ ਮੈਨੂੰ ਇੱਥੇ ਕੋਈ ਨਾ ਕੋਈ ਮਿਲ ਜੂਗਾ। ਹਰ ਬੰਦੇ ਦੀ ਆਸਤਾ ਹੁੰਦੀ ਆਪਣੀ ਆਪਣੀ, ਉਸ ਹਿਸਾਬ ਨਾਲ ਹਰ ਬੰਦਾ ਇੱਥੇ ਆਉਂਦਾ। ਲੈਣ ਵਾਸਤੇ ਆਉਂਦਾ, ਜੋ ਆਉਂਦਾ ਇੱਥੇ ਕੋਈ ਲੈਣ ਵਾਸਤੇ ਆਉਂਦਾ, ਦੇਣ ਵਾਸਤੇ ਕੋਈ ਕਿਸੇ ਨੂੰ ਨਹੀਂ ਆਉਂਦਾ। ਓਕੇ, ਥੈਂਕ ਯੂ। ਤਾਂ ਇੱਥੇ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਲੱਗੀ ਆ ਪਿਛਲੇ 3-4 ਦਿਨਾਂ ਤੋਂ ਇੱਥੇ ਨੇ। ਜਦੋਂ ਸ਼ਹੀਦੀ ਸਭਾ ਦੇ ਦਿਨ ਨੇੜੇ ਆਉਂਦੇ ਨੇ ਤਾਂ ਉਦੋਂ ਸੰਗਤਾਂ ਦੇ ਵਿੱਚ ਇੱਕ ਜਿਹੜਾ ਚਾਅ ਗਾ ਉਹ ਹੁੰਦਾ ਗਾ ਕਿ ਅੱਜ ਦੇ ਦਿਨ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੀ। ਤਾਂ ਇਹ ਵੀ ਇੱਕ ਇਤਿਹਾਸ ਦਾ ਹੀ ਅੰਗ ਆ ਜਿਹੜਾ ਕਿ ਗੱਤਕਾ ਖੇਡਿਆ ਜਾਂਦਾ। ਇਹ ਵੀ ਇੱਕ ਇਤਿਹਾਸ ਦਾ ਇੱਥੇ ਸੰਗਤ ਆ ਜਿਹੜੀ ਉਹ ਖੜੀ ਹੋਈ ਆ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇਹ ਤਸਵੀਰਾਂ
ਤੁਹਾਨੂੰ ਦਿਖਾਈਆਂ ਜਾਣ। ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜਿਹੜਾ ਕਿ ਸਾਹਮਣੇ ਆਵੇਗਾ। ਅਸੀਂ ਤੁਹਾਡੇ ਨਾਲ ਇੱਥੋਂ ਦੀਆਂ ਜਿਹੜੀਆਂ ਕਿ ਤਸਵੀਰਾਂ ਅੱਜ ਸਾਂਝੀਆਂ ਕਰਾਂਗੇ। ਸ਼ਹੀਦੀ ਸਭਾ ਦੀਆਂ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਕਿਸ ਤਰ੍ਹਾਂ ਜਿਹੜੀਆਂ ਕਿ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਜਿਹੜਾ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾ ਰਹੇ ਨੇ। ਨਿਹੰਗ ਸਿੰਘ ਫੌਜਾਂ ਦੇ ਵੱਲੋਂ ਜਿਹੜੀ ਕਿ ਆਪਣੀ ਕਲਾ ਗੀ ਉਹ ਇੱਥੇ ਦਰਸਾਈ ਜਾਂਦੀ ਆ, ਵਰਤਾਈ ਜਾਂਦੀ ਆ। ਤਾਂ ਇਹ ਗੁਰੂ ਦੀ ਕਲਾ ਗੀ ਇਸ ਧਰਤੀ ਦੇ ਉੱਪਰ ਜਿਹੜੀ ਕਿ ਅਕਾਲ ਪੁਰਖ ਦੀ ਕਲਾ ਵਰਤਦੀ ਆ। ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ ਇਹ ਦਿਨ। ਜਦੋਂ ਕਿਹਾ ਗਿਆ ਕਿ ਇੱਕ ਮੰਤਵੀ ਬਿਗਲ ਵੱਜੂਗਾ ਤਾਂ ਫਿਰ ਸੰਗਤਾਂ ਨੇ ਦੱਸਿਆ ਕਿ ਮੰਤਵੀ ਬਿਗਲ ਨਹੀਂ ਹੁੰਦੇ, ਨਗਾਰੇ ਵੱਜਦੇ ਹੁੰਦੇ ਨੇ। ਚੜ੍ਹਦੀ ਕਲਾ ਦਾ ਪ੍ਰਤੀਕ ਸੀ ਉਦੋਂ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜੇ ਸੀ। ਉਦੋਂ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਭਾਣਾ ਮੰਨਿਆ ਸੀ। ਇਹ ਕਾਫੀ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਮੰਤਵੀ ਬਿਗਲ ਵੱਜਣਗੇ, ਇਹ ਹੋਊਗਾ ਉਹ ਹੋਊਗਾ, ਪਰ ਇਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਜੀ। ਇਹ ਤਾਂ ਸ਼ੁਰੂ ਤੋਂ ਹੀ ਨੇ ਸਿੱਖ ਪੰਥ ਜੂਝਦਾ ਆਇਆ। ਸਿੱਖ ਪੰਥ ਜੂਝਣ ਕਰਕੇ ਖਾਲਸਾ ਜਕਾਰੇ ਚੱਲਦੇ ਨੇ, ਬਿਗਲ ਨਹੀਂ ਚੱਲਦੇ ਉਰੇ। ਖਾਲਸਾ ਜਾਂ ਬੋਲ ਵਾਲਾ ਹੁੰਦਾ, ਖਾਲਸੇ ਜਕਾਰੇ ਲੱਗਦੇ ਨੇ। ਕਿ ਇਹ ਮਾਹੌਲ ਨੂੰ ਜਦੋਂ ਦੇਖਦੇ ਹੋ ਮਨ ਨੂੰ ਇੱਕ ਰੁੱਗ ਵੀ ਭਰਿਆ ਜਾਂਦਾ, ਅੰਦਰੋਂ ਹੌਂਕਾ ਵੀ ਆਉਂਦਾ। ਚੜ੍ਹਦੀ ਕਲਾ ਇਹ ਸਾਡੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਛੋਟੀਆਂ ਜਿੰਦਾਂ ਵੱਡਾ ਸਾਕਾ। ਜਦੋਂ ਆਪਣੀ ਦੇਖੋ ਜਿੰਦ ਕੁਛ ਨਹੀਂ ਹੁੰਦੀ ਬੰਦੇ ਦੀ, ਜਿਹੜਾ ਅੰਦਰ ਹੈ, ਅੰਦਰ ਦੀ ਆਤਮਾ ਹੈ ਜਾਂ ਸਾਡੀ ਅੰਦਰ ਉਹਨਾਂ ਦੀ ਕੀ ਸਾਹਿਬਜ਼ਾਦਿਆਂ ਦੀ ਆਤਮਾ ਮਾਰਨੀ ਚਾਹੁੰਦੇ ਸੀਗੇ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾਂਦੇ ਨੇ। ਇੱਧਰ ਤਸਵੀਰ ਦਿਖਾ। ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ। ਤਾਂ ਦੇਖ ਰਹੇ ਹੋ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਵਾਰੀ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ। ਕਿੰਨੀ ਉਮਰ ਆ ਬਜ਼ੁਰਗੋ ਤੁਹਾਡੀ? 65 ਤੋਂ ਉੱਪਰ ਆ ਜੀ। 65 ਤੋਂ ਉੱਪਰ। ਹਾਂਜੀ। ਬਾਬਾ ਦੀਪ ਸਿੰਘ ਦੀ ਯਾਦ ਦਿਵਾਤੀ ਆ ਜਦੋਂ ਬਾਬਾ ਦੀਪ ਸਿੰਘ ਨੇ ਖੰਡੇ ਦੀ ਗੱਲ ਕੀਤੀ, ਕਿਹਾ ਕਿ ਜਿਹੜੇ ਨੂੰ ਜਾਣ ਪਿਆਰੀ ਆ ਉਹ ਇਸ ਲਕੀਰ ਤੋਂ ਪਿੱਛੇ ਮੁੜ ਜਾਓ, ਜਿਨ੍ਹਾਂ ਨੂੰ ਗੁਰੂ ਪਿਆਰਾ ਉਹ ਅੱਗੇ ਆ ਜਾਓ। ਸਹੀ ਹੈ ਜੀ। ਅੱਜ ਜਦੋਂ ਤੁਸੀਂ ਗੱਤਕਾ ਖੇਡ ਰਹੇ ਸੀ ਤਾਂ ਉਹ ਯਾਦ ਆ ਗਈ, ਉਹ ਕਥਾ ਜਿਹੜੀ ਉਹ ਕਹਾਣੀਆਂ। ਇਹ ਜਦਾ ਹੀ ਯਾਦ ਆ ਸਿੰਘਾਂ ਨੂੰ, ਸਿੰਘਾਂ ਦੇ ਹਿਰਦੇ ਵਿੱਚ ਜਿੰਨੇ ਗੱਤਕੇ ਸਭ ਦੇ ਹਿਰਦੇ ਤੋਂ ਬਾਹਰ ਕਿਤੇ ਨਹੀਂ ਗਏ। ਮਹਾਰਾਜ ਨਾਲ ਹੀ ਨੇ। ਦੇਖ ਸਕਦੇ ਹੋ ਕਿ ਜੀ ਬਈ ਜਿਨ੍ਹਾਂ ਜਨਮ ਲਿਆ ਖੰਡੇ ਦੀ ਧਾਰ ਵਿੱਚੋਂ, ਉਹਨਾਂ ਸਿੰਘਾਂ ਨੇ ਪੁੱਤ ਸਰਦਾਰ ਜੰਮਣੇ। ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ, ਕਈ ਅਜੀਤ ਜੰਮਣੇ, ਕਈ ਜੁਝਾਰ ਜੰਮਣੇ। ਸਿੱਖ ਕੌਮ ਨਾ ਕਿਸੇ ਦੀ ਈਨ ਮੰਨੇ, ਇਹਨਾਂ ਪੰਡ ਗੁਲਾਮੀ ਦੀ ਚੁੱਕਣੀ ਰਹੀ। ਇਹਨਾਂ ਨੂੰ ਮਾਰਦਿਆਂ ਮੁੱਕ ਗਈ ਕੁੱਲ ਦੁਨੀਆ, ਇਹ ਕਿਸੇ ਦੇ ਮਾਰਿਆ ਮੁੱਕਣੀ ਰਹੀ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਇਹੀ ਇੱਕ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਹ ਜੋ ਗੱਤਕਾ ਖੇਡਿਆ ਜਾਂਦਾ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਸ ਨੂੰ ਦੇਖ ਕੇ
ਇਹ ਕਿਹਾ ਜਾਂਦਾ ਕਿ ਜਿਸ ਦੀ ਰਗਾਂ ਦੇ ਵਿੱਚ ਖੂਨ ਖੋਲਣ ਲੱਗ ਜਾਂਦਾ। ਤੁਸੀਂ ਦੇਖ ਸਕਦੇ ਹੋ ਇੱਥੇ ਪੁਰਾਤਨ ਸ਼ਾਸਤਰ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇੱਥੇ ਸ਼ਾਸਤਰ ਨੇ ਉਹ ਵੀ ਨਾਲ ਦਿਖਾਏ ਜਾਂਦੇ ਨੇ, ਨਾਲ ਉਹਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਆ। ਤਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਆਉਂਦੀਆਂ ਨੇ ਤੁਕਾਂ ਕਿ ਸ਼ਾਸਤਰ ਕੇ ਅਧੀਨ ਹੈ ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕੋਈ ਕਿਸੇ ਕੋ ਰਾਜ ਨਾ ਦੇਹੋ, ਜੋ ਲੇਹੋ ਨਿਜ ਵੱਲ ਸੇ ਲੇਹੋ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਜੋ ਭਾਰੀ ਇਕੱਠ ਆ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ। ਤਾਂ ਅੱਗੇ ਪਿਛਲੇ ਪਾਸੇ ਬਹੁਤ ਸਾਰੀ ਜਿਹੜੀ ਕਿ ਸੰਗਤ ਆ ਉਹ ਚੱਲਦੀ ਅੱਗੇ ਜਾ ਰਹੀ ਆ। ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ। ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ। ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਆ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਚਿਣ ਰਹੇ ਨੇ ਜਿਹੜੇ ਜਲਾਦ ਨੇ, ਉਹ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣ ਰਹੇ ਨੇ। ਤਾਂ ਇਹ ਤਸਵੀਰ ਬਹੁਤ ਕੁਝ ਆ ਜਿਹੜਾ ਕਿ ਬਿਆਨ ਕਰਦੀ ਆ। ਤਾਂ ਇਸ ਦੇ ਉੱਪਰ ਗੁਰਬਾਣੀ ਦੀਆਂ ਤੁਕਾਂ ਜੋ ਲਿਖੀਆਂ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਗਲੀ ਮੇਰੀ ਆਓ। ਇਤ ਮਾਰਗ ਚ ਪੈਰ ਧਰੀ ਜੇ, ਸਿਰ ਦੀਜੇ ਕਾਜ ਨਾ ਕੀਜੇ। ਤਾਂ ਇਹ ਤਸਵੀਰਾਂ ਦੇ ਵਿੱਚ ਜੋ ਕੁਝ ਬਿਆਨ ਹੁੰਦਾ ਤਾਂ ਹੂਬਹੂ ਉਹ ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਬਿਲਕੁਲ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ ਜਦੋਂ ਇਹ ਦਿਨ ਚੱਲਦੇ ਨੇ। ਜਦੋਂ ਅਸੀਂ ਉਸ ਦਰਬਾਰ ਸਾਹਿਬ ਉਸ ਕੰਧ ਦੇ ਕੋਲ ਜਾਂਦੇ ਆ ਤਾਂ ਵਜੀਦੇ ਖਾਨ ਦੀਆਂ ਤਸਵੀਰਾਂ ਆਉਂਦੀਆਂ ਨੇ ਸਾਹਮਣੇ ਕਿ ਕਿਸ ਤਰ੍ਹਾਂ ਦੇ ਜ਼ਾਲਮ ਸੀ ਉਸ ਸਮੇਂ ਦੀ ਹਕੂਮਤ, ਕਿਸ ਤਰ੍ਹਾਂ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੇ ਚੜ੍ਹਦੀ ਕਲਾ ਦੇ ਜਕਾਰੇ ਛੱਡੇ ਸੀ। ਉਦੋਂ ਵੀ ਕਹਿੰਦੇ ਸੀ ਕਿ ਸੂਬਿਆ ਸਾਨੂੰ ਤੇਰੀ ਈਨ ਪਿਆਰੀ ਨਹੀਂ, ਸਾਨੂੰ ਗੁਰੂ ਪਿਆਰਾ ਤੇ ਸਾਨੂੰ ਕੌਮ ਪਿਆਰੀ ਆ। ਇਸ ਨੀਹਾਂ ਦੇ ਵਿੱਚ ਜਿਹੜੀ ਨੀਂਹ ਧਰ ਕੇ ਗਏ ਨੇ ਸਿੱਖੀ ਦੀ, ਤਾਂ ਉਹ ਸਦਾ ਤੱਕ ਜਿਹੜੀ ਕਿ ਉਮਰਾਂ ਤੱਕ ਰਹਿੰਦੀ, ਦੁਨੀਆ ਤੱਕ ਰਹਿਣੀ ਆ। ਇਹ ਤਸਵੀਰ ਨੂੰ ਦੇਖ ਕੇ ਕੀ ਆਉਂਦਾ ਮਨ ਦੇ ਵਿੱਚ? ਇਹ ਤਸਵੀਰਾਂ ਦੇਖ ਰਹੇ ਹੋ ਪਾਸੇ ਤੇ, ਇਹਨਾਂ ਨੂੰ ਦੇਖ ਕੇ ਕੀ ਅੱਖਾਂ ਦੇ ਮੂਹਰੇ ਕੀ ਆ ਰਿਹਾਗਾ, ਦਿਲ ਦੇ ਵਿੱਚ ਕੀ ਆ ਰਿਹਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਦੁੱਖ ਹੁੰਦਾ ਜੀ ਇਹਨਾਂ ਦੇ ਬੱਚਿਆਂ ਦੇ ਇੰਨਾ ਕਹਿਰ ਗੁਜ਼ਰਿਆ ਜੀ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀਆਂ ਕਿ ਅੱਜ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਕਿੰਨੀ ਉਮਰ ਆ ਤੁਹਾਡੀ? ਕਿਹੜੇ ਸਕੂਲ 'ਚ ਪੜ੍ਹਦੇ ਹੋ? ਸੇਂਟ ਇੰਡਨ ਗਾਰਡਨ। ਅੱਜ ਇੱਥੇ ਖਾਲਸੇ ਦੇ ਬੋਲਬਾਲੇ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਨਗਰ ਕੀਰਤਨ ਛੋਟੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ। ਯਾਦ ਆਉਂਦੀ ਆ ਛੋਟੇ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ? ਹਾਂਜੀ। ਕੀ ਨਾਮ ਕੀ ਆ ਤੁਹਾਡਾ? ਗੁਰਲੀਨ ਕੌਰ। ਗੁਰਲੀਨ ਕੌਰ। ਸਾਹਿਬਜ਼ਾਦਿਆਂ ਦੇ ਨਾਮ ਚਾਰਾਂ ਦੇ ਪਤਾ ਯਾਦ ਨੇ? ਬਾਬਾ ਜਰੋਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੁਰਾਰ ਸਿੰਘ ਜੀ। ਤਾਂ ਇਹ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਇਤਿਹਾਸ ਪੜ੍ਹਾਵਾਂਗੇ ਤਾਂ ਇਹਨਾਂ ਨੇ ਵੱਡੇ ਹੋ ਕੇ ਆਪਣੇ ਗਾਹਾਂ ਪੀੜ੍ਹੀਆਂ ਨੂੰ ਇਤਿਹਾਸ ਦੱਸਣਾ। ਇਹ ਇਤਿਹਾਸ ਆ ਜਿਹੜਾ ਕਿ ਜੁਗਾਂ ਤੱਕ ਚੱਲਦਾ ਰਹਿਣਾ। ਜੁਗੋ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦਕਾ, ਜਿਹੜੀ ਕਿ ਪ੍ਰੇਰਨਾ ਸਦਕਾ ਇਹ ਇਤਿਹਾਸ ਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜਿਹੜੇ ਬੱਚੇ ਨੇ ਇੱਥੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਉਹ ਪਹੁੰਚੇ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕਿ ਵੱਡੀ ਸੰਗਤ ਦਾ ਵੱਡਾ ਇਕੱਠ ਜਿਹੜਾ ਕਿ ਠਾਠਾਂ ਮਾਰਦਾ। ਬਾਬਾ ਜੀ ਕਿਵੇਂ ਅਸੀਂ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਕ ਇੱਥੇ ਬਰਾਗ ਮਨਾਈਏ ਜਾਂ ਚੜ੍ਹਦੀ ਕਲਾ ਦੇ ਜਕਾਰੇ ਛੱਡੀਏ? ਇਹ ਦੋਨਾਂ ਵਿੱਚ ਕੁਝ ਵੀ ਕਹਿ ਸਕਦੇ ਆ ਮਹਾਰਾਜ। ਇੱਕ ਬਰਾਗ ਦੇ ਵੀ ਜਕਾਰੇ ਬੱਲੇ ਜਾ ਸਕਦੇ ਨੇ ਤੇ ਖੁਸ਼ੀ ਦੇ ਵੀ ਜਕਾਰੇ ਜੀ। ਖੁਸ਼ੀ ਦੇ ਐਂਚਨ ਜੀ ਜੋ ਸ਼ਹੀਦੀ ਛੋਟੇ ਸਾਹਿਬਜ਼ਾਦੇ ਨੇ ਪਾਈ ਹੈ ਸਾਡੇ ਲਈ, ਉਹ ਕੋਈ ਨਹੀਂ ਜ਼ਿੰਦਗੀ 'ਚ ਪਾ ਸਕਦਾ ਮਹਾਰਾਜ। ਉਹ ਬਰਾਗ ਹਾਂਜੀ, ਖੁਸ਼ੀ ਦੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਹਮੇਸ਼ਾ ਹੀ ਰਹੂਗੀ ਜੀ। ਮੰਤਵੀ ਬਿਗਲ ਵਜਾਉਣ ਦੀਆਂ ਗੱਲਾਂ ਹੋਈਆਂ, ਮੁੱਖ ਮੰਤਰੀ ਕਹਿੰਦੇ ਮੰਤਵੀ ਬਿਗਲ ਵਜਾਇਆ ਜਾਊਗਾ। ਮੰਤਮ ਤਾਂ ਨਹੀਂ ਮਨਾਇਆ ਕਦੇ? ਨਹੀਂ ਜੀ, ਨਹੀਂ ਖਾਲਸੇ ਨੇ ਕਦੇ ਨਹੀਂ ਮਨਾਇਆ ਜੀ।
ਚੜ੍ਹਦੀ ਕਲਾ 'ਚ ਰਿਹਾ ਤਾਂ ਚੜ੍ਹਦੀ ਕਲਾ 'ਚ ਹੀ ਰਹੇਗਾ ਜੀ। ਬਿਲਕੁਲ ਹਾਂਜੀ। ਤਾਂ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਜੋ ਇੱਥੇ ਸੰਗਤ ਅੱਜ ਪਹੁੰਚੀ ਆ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਇਸ ਧਰਤੀ ਤੇ ਲਿਆਂਦਾ ਗਿਆ, ਇਸ ਜਗ੍ਹਾ ਤੇ ਲਿਆਂਦਾ ਗਿਆ, ਤਾਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਬੜੀਆਂ ਜਿਹੜੀਆਂ ਕਿ ਕਹਾਣੀਆਂ, ਬੜਾ ਜਿਹੜਾ ਕਿ ਇਤਿਹਾਸ ਪਿਆ, ਜਿਸ ਨੂੰ ਫਰੋਲਦੇ ਆ ਤਾਂ ਬੜਾ ਕੁਝ ਜਿਹੜਾ ਕਿ ਨਿਕਲਦਾ ਵਾ। ਇਤਿਹਾਸ ਦੇ ਵਿੱਚੋਂ ਬਹੁਤ ਕੁਝ ਆ ਜਿਹੜਾ ਕਿ ਸਿੱਖਣਾ ਬਾਕੀ ਆ। ਜਦੋਂ ਇਤਿਹਾਸ ਨੂੰ ਅਸੀਂ ਫਰੋਲਦੇ ਆ ਤਾਂ ਇਤਿਹਾਸ ਦੇ ਵਿੱਚੋਂ ਬਹੁਤ ਕੁਝ ਅਜਿਹੇ ਤੱਥ ਸਾਹਮਣੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਜਾਂ ਜਿਨ੍ਹਾਂ ਨੂੰ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੜ੍ਹ ਕੇ ਇਹ ਲੱਗਦਾ ਕਿ ਇਸ ਕੌਮ ਦੇ ਸਿਰ ਸ਼ਾਇਦ ਇਹੀ ਕੁਝ ਲਿਖਿਆ। ਇਸ ਕੌਮ ਨੇ ਰਾਜ ਵੀ ਕੀਤਾ ਤੇ ਇਸ ਕੌਮ, ਤੁਸੀਂ ਦੇਖੋ ਕਿ ਜਵਾਨ ਨੇ ਬਈ ਇੱਥੇ ਸਵਾਗਤ ਦੇ ਲਈ ਖੜੇ ਹੋ। ਯਾਦ ਦੇ ਵਿੱਚ ਇੱਕ ਨਗਰ ਕੀਰਤਨ ਆ ਜਿਹੜਾ ਕਿ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਬਰਨਾਲਾ ਸ਼ਹਿਰ ਤੋਂ। ਬਰਨਾਲੇ ਤੋਂ? ਹਾਂ ਜੀ। ਮੇਰੇ ਵਾਲੀ ਸਾਈਡ ਤੋਂ ਆਏ ਹੋ। ਕਿਹੜਾ ਪਿੰਡ ਆ? ਧਨੌਲਾ। ਇਹ ਮੇਰੇ ਪਿੰਡਾਂ ਵੱਲ ਦੇ ਨੇ ਨੌਜਵਾਨ। ਮੇਰੇ ਪਿੰਡਾਂ ਵੱਲੋਂ ਬੜੀ ਸੰਗਤ ਆਉਂਦੀ ਆ। ਤੁਹਾਨੂੰ ਦੱਸ ਦਈਏ ਕਿ ਉਧਰਲੀ ਸਾਈਡ ਤੋਂ ਬੜੀ ਸੰਗਤ ਆਉਂਦੀ ਆ। ਟਰੈਕਟਰਾਂ ਤੇ ਆਏ ਹੋ? ਹਾਂਜੀ, ਟਰੈਕਟਰਾਂ ਤੇ। ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ? ਸਾਨੂੰ ਅਸੀਂ 24 ਤਰੀਕ ਦੇ ਆਏ ਹਾਂ। 24 ਤਰੀਕ ਦੇ। ਅੱਜ ਇੱਥੇ ਕੀ ਭਰਨ ਕਰਕੇ ਜਾਓਗੇ? ਜਿਵੇਂ ਨਾਈ ਦੀ ਦੁਕਾਨ ਤੇ ਜਾਂਦੇ ਹੋ, ਕੇਸ ਦਾੜੀ ਕਤਲ ਕਰਵਾਉਣੇ ਨਹੀਂ ਕਰਵਾਉਂਦੇ? ਕੋਈ ਹੈ ਦਿਲ ਦੇ ਵਿੱਚ? ਨਹੀਂ ਨਹੀਂ, ਹਲੇ ਕੋਈ ਮਨ ਨਹੀਂ ਬਣਿਆ ਨਾ। ਜਦੋਂ ਬਾਬੇ ਨੇ ਚਾਹਿਆ ਕੋਈ ਨਹੀਂ, ਅੰਮ੍ਰਿਤ ਛਕ ਲਾਂਗੇ। ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਮਿਹਰ ਹੋਵੇ, ਵਾਹਿਗੁਰੂ ਇਹਨਾਂ ਤੇ ਮਿਹਰ ਕਰੇ। ਕਿ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਨਗਰ ਕੀਰਤਨ ਗੁਜ਼ਰ ਰਿਹਾ, ਇਹ ਤੁਹਾਡੇ ਨਾਲ ਨੇ ਨੌਜਵਾਨ। ਤੇ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ? ਹੋ ਗਏ 2 ਦਿਨ ਹੋ ਗਏ ਜੀ। 2 ਦਿਨ ਹੋ ਗਏ। ਇੱਥੇ ਸੇਵਾ ਕਰਨ ਆਉਣੇ ਹੋ? ਹਾਂ, ਸੇਵਾ ਕਰਨੀ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰਦੇ ਆ। ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਹੜੀ ਕਿ ਸੰਗਤ ਆ ਇਸ ਜਗ੍ਹਾ ਤੇ ਪਹੁੰਚੀ ਆ। ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰੀਏ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਹ 5 ਪਿਆਰਿਆਂ ਦੀ ਯਾਦ ਦਿਵਾ ਰਹੀਆਂ ਤਸਵੀਰਾਂ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਅੱਗੇ ਆਉਂਦਾ। ਤਾਂ ਅੱਜ ਕੋਸ਼ਿਸ਼ ਕਰਾਂਗੇ ਕਿ ਪੂਰੀ ਦੀ ਪੂਰੀ ਜਿਹੜੀ ਕਿ ਤਸਵੀਰ ਆ ਤੁਹਾਡੇ ਸਨਮੁਖ ਕਰੀ ਜਾਵੇ, ਤੁਹਾਡੇ ਰੂਬਰੂ ਕਰੀ ਜਾਵੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਜਿਹੜਾ ਕਿ ਸਾਹਮਣੇ ਆਵੇਗਾ, ਜਿਹੜਾ ਕਿ ਇਹ ਦੱਸੇਗਾ ਕਿ ਉਸ ਵਕਤ ਚੜ੍ਹਦੀ ਕਲਾ ਦੇ ਜਕਾਰੇ ਗੂੰਜੇ ਤੇ ਅੱਜ ਵੀ ਉਹ ਜਕਾਰੇ ਜਿਉਂ ਦੀ ਤਿਉਂ ਗੂੰਜ ਰਹੇ ਨੇ। ਕਿਹੜੇ ਥਾਂ ਤੋਂ ਆਏ ਹੋ ਤੁਸੀਂ? ਕਿਹੜੇ ਥਾਂ ਤੋਂ ਆਏ ਹੋ? ਅਸੀਂ ਪਠਾਣਾ ਤੋਂ ਜੀ। ਇਹ ਇੱਥੇ ਪਹੁੰਚੇ ਹੋ, ਕਿੱਦਾਂ ਦਾ ਮਹਿਸੂਸ ਕੀ ਹੋ ਰਿਹਾ ਇਸ ਜਗ੍ਹਾ ਨੂੰ ਦੇਖ ਕੇ? ਕੀ ਮਹਿਸੂਸ ਕੀ ਕਰਦੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਿੰਨੇ ਉਹ ਕੁਰਬਾਨੀ ਕੀਤੀ ਹੈ ਜਿਨ੍ਹਾਂ ਨੇ, ਵੀ ਉਹ ਕਿੰਨੇ ਮਹਾਨ ਸ਼ਹੀਦਾਂ ਨੇ। ਅੱਜ ਕਿੰਨੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣੇ ਆ ਉਹ ਦਿਨ। ਤਾਂ ਇਹ ਠੀਕ ਹੋ? ਇਹ ਠੀਕ ਹੋ? ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਇੱਥੋਂ ਜਿਹੜਾ ਕਿ ਪਿੱਛੇ ਚੱਲਦੇ ਹਾਂ। ਤਾਂ ਜਦੋਂ ਤਸਵੀਰ ਤੁਹਾਨੂੰ ਦਿਖਾਉਣੀ ਆ ਪਿਛਲੀ, ਤਾਂ ਬਹੁਤ ਕੁਝ ਜਿਹੜਾ ਕਿ ਸਾਹਮਣੇ ਆ ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਟੱਲ ਨੇ ਤੇ ਟੱਲ ਰਹਿਣੇ ਆ।
ਇਹਨਾਂ ਝੰਡਿਆਂ ਦੇ ਨਾਲ ਪ੍ਰਤੀਕ ਹੁੰਦਾ ਕਿ ਚੜ੍ਹਦੀ ਕਲਾ ਵਾਲਾ ਦਿਨ ਹੈ। ਅਸੀਂ ਤੁਹਾਨੂੰ ਇਹ ਤਸਵੀਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਤੇ ਜੁਗਾਂ ਜੁਗਾਂ ਤੱਕ ਇਹ ਸਾਕੇ ਜਿਉਂਦੇ ਰਹਿਣੇ ਆ। ਜਦੋਂ ਵੀ ਇਹ ਦਿਨ ਆਵੇਗਾ ਤਾਂ ਉਦੋਂ ਹੀ ਖਾਲਸਾ ਪੰਥ ਇੱਥੇ ਇਕੱਠਾ ਹੋਵੇਗਾ ਤੇ ਝੰਡੇ ਬੁੰਗੇ ਜੁਗੋ ਜੁਗ ਅਟੱਲ ਦਾ ਜਿਹੜਾ ਕਿ ਪ੍ਰਤੀਕ ਆ ਉਹ ਸਾਂਝਾ ਕਰਦਾ ਰਹੇਗਾ। ਤਾਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਸਿੰਘ ਸਾਹਿਬ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨਾਂ ਨੂੰ ਇਹ ਦੇਖੋ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਸਾਡਾ ਉਹ ਸ਼ੁਭ ਦਿਹਾੜਾ ਹੈ ਜਿਸ ਤੋਂ ਸਾਨੂੰ ਸਿੱਖੀ ਦੀ ਪ੍ਰੇਰਨਾ ਮਿਲਦੀ ਹੈ, ਜਿੱਥੇ ਸਾਡੇ ਸਿੱਖੀ ਦੇ ਬੂਟੇ ਨੂੰ ਖੂਨ ਨਾਲ ਸਿੰਚਿਆ ਗਿਆ ਹੈ। ਅੱਜ ਜੋ ਸਿੰਚੇ ਬੂਟੇ ਦੀ ਅੱਜ ਤੁਸੀਂ ਸ਼ਾਨ ਮਾਣ ਦੇਖ ਰਹੇ ਹੋ। ਸੰਗਤ ਇਸ ਨੂੰ ਅਫਸੋਸ ਨਾਲ ਮਨਾਉਂਦੀ, ਅਫਸੋਸ ਨਹੀਂ, ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅੱਜ ਜਿੰਨੀ ਵੀ ਸੰਗਤ ਸਾਡੇ ਨਾਲ ਆਈ ਹੈ, ਇਹ ਖਾਲਸਾ ਪ੍ਰਚਾਰ ਜਥਾ ਪਟਿਆਲਾ ਤੋਂ ਔਰ ਪਾਣੀਪਤ ਤੋਂ ਆਈ ਹੈ, ਜਿਹੜੀ ਕਿ ਇਸ ਨਗਰ ਕੀਰਤਨ 'ਚ ਦੀ ਸ਼ੋਭਾ ਵਧਾਉਣ ਵਾਸਤੇ ਆਈ ਹੈ। ਇਹ ਸਥਾਨ ਸਭ ਤੋਂ ਪਵਿੱਤਰ ਸਥਾਨ ਹੈ, ਜਿੱਥੇ ਸਾਡੇ ਦੋ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਬਲੀਦਾਨ ਦੇ ਕੇ ਇਸ ਧਰਤੀ ਨੂੰ ਸਿੰਚਿਆ ਹੈ, ਜਿਸ ਨਾਲ ਅੱਜ ਖਾਲਸਾ ਪ੍ਰਫੁੱਲਤ ਹੋ ਰਿਹਾ ਹੈ ਤੇ ਅੱਗੋਂ ਹੋਰ ਵੀ ਹੋਏਗਾ। ਸੋ ਮੈਂ ਖਾਲਸਾ ਜੀ ਨੂੰ ਬੇਨਤੀ ਕਰਦਾ ਹਾਂ, ਇੱਕ 35 ਅੱਖਰੀ ਬਣਾਈ ਹੈ ਕਾਰਡ ਤੇ, ਜਿਸ ਨਾਲ ਊੜਾ ਐੜਾ ਈੜੀ ਸੱਸਾ ਸਾਰਾ ਦਿੱਤਾ ਗਿਆ ਹੈ ਤੇ ਉਹ ਸੰਗਤਾਂ ਨੂੰ ਇਸ ਦੇ ਮੁਤਾਬਕ ਚੱਲਣਾ ਚਾਹੀਦਾ ਤਾਂ ਕਿ ਸਾਨੂੰ ਪੰਜਾਬੀ ਵੀ ਆਵੇ ਤੇ ਸਾਨੂੰ ਇਹਦੇ ਹਰ ਇੱਕ ਲਫ਼ਜ਼ ਦੇ ਨਾਲ ਸਿੱਖੀ ਦਾ ਮਾਰਗ ਵੀ ਅਪਣਾਈਏ। ਇਹਨਾਂ ਕਹਿ ਕੇ ਮੈਂ ਆਪ ਨੂੰ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹਨਾਂ ਨੇ 35 ਲਿਖੀ ਆ, ਇਹ ਨਾਨਕਸ਼ਾਹੀ ਕੈਲੰਡਰ ਆ। ਇਸ ਦੇ ਵਿੱਚ ਜੋ ਅੱਜ ਕੱਲ੍ਹ ਦੇ ਕੈਲੰਡਰ ਨੇ ਉਹ ਕੈਲੰਡਰ ਕੁਝ ਹੋਰ ਨੇ, ਉਹ ਅੰਗਰੇਜ਼ਾਂ ਦੇ ਦਿੱਤੇ ਹੋਏ ਕੈਲੰਡਰ ਨੇ, ਪਰ ਸਿੱਖ ਕੌਮ ਦਾ, ਸਿੱਖ ਪੰਥ ਦਾ ਇਹੋ ਹੀ ਕੈਲੰਡਰ ਆ। ਇਸ ਦੇ ਵਿੱਚ ਦੇਸੀ ਮਹੀਨੇ ਨੇ, ਇਸ ਦੇ ਵਿੱਚ ਪੋਹ, ਮਾਘ, ਜੇਠ, ਹਾੜ, ਸੌਣ, ਭਾਦੋਂ ਅਜਿਹਾ ਕੁਛ ਆ। ਤੇ ਗੁਰਮੁਖੀ ਦੇ ਵਿੱਚ ਜਿਹੜੇ ਕਿ ਇਹਦੇ ਦਿਨ ਲਿਖੇ ਹੋਏ ਨੇ ਤੇ ਗੁਰਮੁਖੀ ਦੇ ਵਿੱਚ ਹੀ ਜਿਹੜੀ ਕਿ ਅੱਖਰ ਲਿਖੇ ਹੋਏ ਨੇ। ਤਾਂ ਜਿਹੜੀ 35 ਦੀ ਗੱਲ ਕਰ ਰਹੇ ਸੀ ਬਜ਼ੁਰਗ, ਉਹ 35 ਉਹ ਸਾਨੂੰ ਗੁਰੂਆਂ ਨੇ ਦਿੱਤੀ ਆ, ਉਹ ਸਾਡੇ ਗੁਰੂਆਂ ਦੀ ਆ, ਉਹ ਵੀ ਇਸ ਦੇ ਵਿੱਚ ਲਿਖੀ ਹੋਈ ਆ। ਊੜੇ ਤੋਂ ਲੈ ਕੇ ਡਾੜੇ ਤੱਕ ਜੋ ਉਸ ਦੇ ਮਤਲਬ ਨਿਕਲਦੇ ਨੇ ਸਿੱਖ ਪੰਥ ਦੇ ਵਿੱਚ, ਉਹ ਇਸ ਦੇ ਵਿੱਚ ਮੌਜੂਦ ਨੇ। ਤਾਂ ਅਸੀਂ ਰੱਖ ਸਕਦੇ ਹਾਂ। ਤਾਂ ਅਸੀਂ ਮੰਗ ਕੇ ਲੈਤੀ ਆ, ਇੱਕ ਕੈਲੰਡਰ ਲੈਤਾ ਇਹਨਾਂ ਤੋਂ। ਇਹ ਤਸਵੀਰਾਂ, ਇਹ ਕਿੰਨੀ ਉਮਰ ਦੇ ਆ? ਇਹ 1 ਸਾਲ ਦੇ ਜੀ। 1 ਸਾਲ ਦੇ ਆ। ਕਿੰਨਾ ਕੁ ਚਾਅ ਹੁੰਦਾ, ਕਿੰਨਾ ਕੁ ਖੁਸ਼ ਹੁੰਦੇ ਨੇ ਜਦੋਂ ਇਹਨਾਂ ਦੇ ਸਿਰ ਤੇ ਦਸਤਾਰ ਸਜਾਉਣੇ? ਬਹੁਤ ਖੁਸ਼ ਹੁੰਦੇ, ਬਹੁਤ ਖੁਸ਼ ਹੁੰਦੇ ਆ। ਦੇਖ ਠੀਕ ਹੋ? ਬੋਲਦੇ ਨੇ ਇਹ? ਨਹੀਂ, ਹਾਲੇ ਤਾਂ ਨਹੀਂ ਬੋਲਦੇ। ਹਾਲੇ ਬੋਲਣ ਨਹੀਂ ਲੱਗੇ। ਤਾਂ ਇਹ ਦੇਖ ਸਕਦੇ ਹੋ, ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਨੂੰ ਚੱਲ ਕੇ ਹੋਰ ਵੀ ਸਾਂਝੀਆਂ ਕਰਾਂਗੇ, ਕਿਉਂਕਿ ਇਹ ਸਿੰਘ ਸਜੇ ਹੋਏ ਨੇ। ਇਹ ਖਾਲਸਾ ਪੰਥ ਦੀ ਤਸਵੀਰ ਆ, ਇੱਕ ਜਿਹੜੀ ਕਿ ਕੌਮ ਦੀ ਤਸਵੀਰ ਆ, ਇੱਕ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਅਟੱਲ ਸੀ ਤੇ ਅਟੱਲ ਰਹਿਣੇ ਆ। ਇਹਨਾਂ ਦੇ ਉੱਪਰ ਬੜੇ ਸਵਾਲ ਖੜੇ ਹੁੰਦੇ ਨੇ, ਝੰਡੇ ਬੁੰਗਿਆਂ ਦੇ ਉੱਪਰ ਬੜਾ ਕੁਝ ਬੋਲਦੇ ਨੇ ਵਿਰੋਧੀ ਧਿਰਾਂ। ਕਿਵੇਂ ਦਾ ਲੱਗਦਾ ਸਿੰਘ ਸਾਹਿਬ ਅੱਜ ਦਾ ਜੋ ਦਿਨ, ਅੱਜ ਦਾ ਜੋ ਦਿਹਾੜਾ ਹੈਗਾ? ਚੜ੍ਹਦੀ ਕਲਾ ਰਹੇਗੀ ਸਦਾ ਹੀ ਚੜ੍ਹਦੀ ਕਲਾ ਆ। ਉਹਨਾਂ ਦੀ ਖੇਡ ਸਾਰੀ ਅੱਜ ਜੋ ਹੋ ਰਿਹਾ ਉਹਨਾਂ ਦੀ ਬਦੌਲਤ ਹੋ ਰਿਹਾ, ਹੋਰ ਨਹੀਂ। ਰਹੇਗੀ ਵੀ ਇਸ ਨਹੀਂ, ਇੱਦਾਂ ਨਹੀਂ ਦੀ ਦੁਨੀਆ ਤੱਕ ਰਹੇਗੀ। ਜਦੋਂ ਧਰਤੀ ਸਮਾਨ ਰਹੇਗਾ ਉਹਨਾਂ 'ਚ ਰਹੇਗੀ। ਤਾਂ ਇਹ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੇ ਸਾਕੇ ਹੋਏ ਨੇ ਇੱਥੇ। ਤਾਂ ਦੇਖ ਸਕਦੇ ਹੋ, ਇਹ ਤਸਵੀਰ ਦਿਖਾ। ਇਹ ਜਿਹੜੇ ਕਹਿੰਦੇ ਨੇ ਕਿ ਸ਼ਾਸਤਰਾਂ ਨਾਲ ਕਿਉਂ ਪਿਆਰ ਕਰਦੇ ਆ, ਇਹ ਪੰਜਾਬ ਦੇ ਖੂਨ ਦੇ ਵਿੱਚ ਆ, ਪੰਜਾਬ ਦੇ ਜਹਨ ਦੇ ਵਿੱਚ ਆ। ਇਹ ਤਸਵੀਰ ਹੀ ਅਜਿਹੀ ਆ ਕਿ ਜਿਹੜੀ ਸ਼ਾਸਤਰਾਂ ਦੇ ਵਿੱਚੋਂ ਜੰਮੀ ਆ ਤੇ ਸ਼ਾਸਤਰਾਂ ਦੇ ਵਿੱਚ ਹੀ ਅਲੋਪ ਹੋ ਜਾਣਾ ਇਸ ਤਸਵੀਰ ਨੇ। ਅਸੀਂ ਤੁਹਾਡੇ ਨਾਲ ਇਸੇ ਕਰਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਥੋੜਾ ਸਾਨੂੰ ਦਿਖਾ ਦਿਓਗੇ, ਅਸੀਂ ਕਵਰ ਕਰ ਲਈਏ।
ਥੋੜਾ ਜਿਹਾ ਅਸੀਂ ਕਰ ਲਈਏ ਕਵਰ ਬਾਬਾ, ਪਿੱਛੇ ਨੂੰ ਹੀ ਮਾੜਾ ਜਿਹਾ। ਇਹ ਆ ਜੌਰ ਗੱਤਕੇ ਦੇ। ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿ ਇੱਥੇ ਗੱਤਕੇ ਵਾਲੇ ਪਹੁੰਚੇ ਹੋਏ ਨੇ। ਇਹ ਸਿੰਘ ਸਾਹਿਬ ਨੇ, ਇਹ ਢੋਲ ਦੇ ਡਗੇ ਦੇ ਉੱਤੇ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ, ਤੁਸੀਂ ਦੇਖ ਸਕਦੇ ਹੋ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਇਕੱਲੀ ਜਿਹੜੀ ਕਿ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਪਹੁੰਚਦੀ ਕੀਤੀ ਜਾਵੇ ਤੁਹਾਡੇ ਤੱਕ। ਪਿੱਛੇ ਵਾਲਿਆਂ ਦਾ ਦਿਖਾ ਦੇ ਸ਼ਾਟ। ਅਸੀਂ ਅੱਜ ਸਾਰਾ ਕਵਰ ਕਰਕੇ ਹੁੰਦਾ ਉਹ ਹੱਥ ਵਿੱਚ ਉਹਦੇ ਹਥਿਆਰ ਹੁੰਦਾ, ਉਹ ਰੋਡੇ ਪੋਡੇ ਦਿਖਦੇ ਨਾ, ਹਰ ਮੋੜ ਗੜੀ ਖੜਾ ਸਰਦਾਰ ਹੁੰਦਾ। ਉਹ ਕਿਹੜਾ ਲਾਉਂਦਾ ਸਾਡੇ ਸਤਿਗੁਰੂ ਬਾਬਾ ਕਲਗੀ, ਉਹਦੀ ਹਿੱਕ ਦੇ ਸਿੰਘਾਂ ਦਾ ਵਾਰ ਹੁੰਦਾ। ਬੋਲੇ ਸੋਨਿਆ ਖੁਸ਼ੀਆਂ ਜਗਾਰੇ ਬੁਲਾਵੇ ਧੰਨ ਧੰਨ ਬਾਬਾ ਜੋਰਾਵਰ, ਧੰਨ ਧੰਨ ਬਾਬਾ ਫਤਿਹ ਸਿੰਘ, ਮਾਤਾ ਗੁਜਰ ਜੋ ਕੌਰ ਦੇ ਮਨ ਨੂੰ ਭਾਵੇ ਖੁਸ਼ੀਆਂ ਜਾਏ। ਸਤਿ ਸ੍ਰੀ ਅਕਾਲ। ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ, ਕੇਸਾਂ ਦੀ ਬੇਅਦਬੀ ਕਰਨ ਵਾਲਾ ਸਿਰਗੁੰਮ ਕਿਹਾ ਜਾਂਦਾ ਹੈ। ਇਹ ਜਿਹੜੇ ਸਲੋਗਨ ਨੇ, ਇੱਕ ਵਾਰ ਇਹ ਸਾਰੇ ਇਕੱਲਾ ਸਲੋਗਨ ਸੰਗਤ ਦੇ ਤੱਕ ਪਹੁੰਚਣਾ ਚਾਹੀਦਾ। ਤੁਸੀਂ ਭਾਈ ਸਾਹਿਬ ਗਾਂ ਨੂੰ ਆ ਜਾਓ, ਥੋੜਾ ਜਿਹਾ ਅੱਗੇ ਨੂੰ ਆ ਜਾਓ। ਇਹਦੇ ਤੇ ਵੀ ਇਹ ਦੇਖੋ, ਇਹ ਸਲੋਗਨਾਂ ਦੇ ਉੱਪਰ ਬਹੁਤ ਕੁਝ ਲਿਖਿਆ ਹੋਇਆ। ਇਹ ਸਾਡੀ ਗੁਰਬਾਣੀ ਵੀ ਕਹਿੰਦੀ ਆ, ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮੋ ਕੁਸ਼ਤੀ ਹੋ ਮਰੇ। ਤਾਂ ਇਹ ਤਸਵੀਰਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆਈ ਵਾਰ ਤੁਸੀਂ ਲੈ ਕੇ ਚੱਲਦੇ ਹੁੰਦੇ ਹੋ, ਆਈ ਵਾਰ ਸੰਗਤ ਨੂੰ ਜਾਗਰੂਕ ਕਰਦੇ ਹੋ। ਦੇਖਦੇ ਆ, ਇੱਥੇ ਪੜ੍ਹਦੇ ਰਹੇ ਆ ਮਾਤਾ ਗੁਜਰੀ ਕਾਲਜ ਦੇ ਵਿੱਚ, ਇੱਥੇ ਦਰਸ਼ਨ ਦਿਦਾਰੇ ਵੀ ਹੁੰਦੇ ਰਹੇ ਨੇ। ਇਹ ਕਿੰਨੇ ਕੁ ਜਿਹੜਾ ਕਿ ਫਰਕ ਪੈ ਜਾਂਦਾ ਗਾ ਲੋਕਾਂ ਦੇ ਉੱਪਰ ਜਾਂ ਸੰਗਤ ਦੇ ਉੱਪਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆਏ ਵਾਰੀ ਸਾਡੇ ਨਾਲ ਜਿੰਨੇ ਸਿੰਘ ਆਉਂਦੇ ਆ ਜੀ, ਉਹਦੇ ਵਿੱਚ ਘੱਟੋ ਘੱਟ 8 ਤੋਂ 10 ਸਿੰਘ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਅਸੀਂ ਹਰ ਵਾਰੀ ਕੇਸਾਧਾਰੀ ਕਰਕੇ ਸੈਂਟਰ ਦੇ ਉੱਤੇ ਦਸਤਾਰ ਸਜਾ ਕੇ ਉਹਨਾਂ ਨੂੰ ਪ੍ਰਣ ਕੀਤਾ ਜਾਂਦਾ ਵੀ ਕੇਸਾਧਾਰੀ ਹੋਣਗੇ, ਦਸਤਾਰ ਵੀ ਦਿੱਤੀ ਜਾਂਦੀ, ਉਹਨਾਂ ਨੂੰ ਉਸ ਮਾਹੌਲ ਦੇ ਵਿੱਚ ਗੁਰਬਾਣੀ ਨਾਲ ਜੋੜਿਆ ਜਾਂਦਾ ਜੀ। ਤੇ ਆਏ ਵਾਰੀ ਸਾਡੇ ਨਾਲ 8-10 ਤੋਂ ਸਿੰਘ, ਮਤਲਬ ਕਿ ਜਿਹੜੇ ਨਵੇਂ ਸਿੰਘ ਸਜੇ ਹੁੰਦੇ ਆਉਂਦੇ ਆ, ਸਾਡੇ ਲਈ ਪੂਰਾ ਪ੍ਰਭਾਵ ਹੈ ਜੀ। ਇੱਥੇ ਸੰਗਤ ਦੇ ਨਾਲ ਜਿੱਦਾਂ ਵਿੱਚ ਵਿਚਰਦੇ ਆ, ਉਹਨਾਂ ਤੋਂ ਪਤਾ ਲੱਗਦਾ, ਵਿੱਚ ਰਿਸਪੌਂਸ ਮਿਲਦਾ ਵੀ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜੀ। ਸਾਡੇ ਆਪ ਦੇ ਸ਼ਹਿਰ ਦੇ ਵਿੱਚ ਜਿੱਥੇ ਸਾਡੀ ਫੈਡਰੇਸ਼ਨ ਮਤਲਬ ਕੰਮ ਕਰਦੀ, ਇਹ ਉੱਥੋਂ ਸਾਡੇ ਕੋਲੇ ਸਿੰਘ ਦਸਤਾਰ ਸੈਂਟਰ ਤੇ ਨਵੇਂ ਤੋਂ ਨਵੇਂ ਆਉਂਦੇ ਦਸਤਾਰਧਾਰੀ ਹੁੰਦੇ ਆ। ਤੇ ਮਹਾਰਾਜ ਦੀ ਬੜੀ ਕਿਰਪਾ ਵੀ ਸਾਡੀ ਜਿਹੜੀ ਇਹ ਸਫਲ ਹੁੰਦੀ ਹੈ ਕਿਰਤ ਕੀਤੀ ਜੀ। ਹਾਂਜੀ, ਇੱਥੇ ਹੋਰ ਕੀ ਦੇਖਣ ਨੂੰ ਮਿਲਦਾ ਜਦੋਂ ਆਉਣੇ ਹੋ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਿ ਸਿਰ ਫਿਰੇ ਵੀ ਮਿਲ ਜਾਂਦੇ ਨੇ ਕਈ ਵਾਰ। ਉਹਨਾਂ ਤੇ ਬਾਬਾ ਜੀ ਇੱਕ ਗੱਲ ਦੀ ਬੜੀ ਖੁਸ਼ੀ ਆ, ਮਹਾਰਾਜ ਦੀ ਕਿਰਪਾ। ਦੇਖੋ ਅਨੰਦਪੁਰ ਸਾਹਿਬ ਜੋ ਭਾਣਾ ਸਿੰਘ ਨਾਲ ਵਾਪਰਿਆ ਹੈ ਨਾ ਜੀ, ਉਹਨਾਂ ਨੇ ਸ਼ਹੀਦੀ ਹੋ ਗਈ, ਇਸੇ ਗੱਲ ਨੂੰ ਰੋਕਣੇ, ਹੱਲੇ ਗੁੱਲੇ ਨੂੰ ਰੋਕਣ ਦੇ ਲਈ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਸੀਗਾ। ਤੇ ਉਹਨਾਂ ਨੂੰ ਆਪਦੀ ਚਲੋ ਜਵਾਨ ਗਵਾਉਣੀ ਪਈ, ਉਹ ਕੌਮ ਦੇ ਲਈ, ਪਰ ਬੜਾ ਕੰਮ ਹੀ ਇੱਥੇ ਐਤਕੀ ਇਹ ਗੱਲ ਵਿਖੇ ਐਤਕੀ ਜਿਹੜੀ ਇਹ ਰੋਕ ਟੋਕ ਹੈ, ਸ਼ੋਰ ਸ਼ਰਾਬੇ ਦਾ ਬੜਾ ਫਰਕ ਆ ਜੀ। ਇਹ ਚੀਜ਼ ਹੋਣੀ ਨਹੀਂ ਚਾਹੀਦੀ। ਦੇਖੋ ਕਿਤੇ ਕੋਈ ਪ੍ਰਚਾਰ ਵੀ ਚੱਲ ਰਿਹਾ ਹੁੰਦਾ ਹੈ, ਕਿਤੇ ਕੋਈ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਜਾਂ ਕੋਈ ਆਪਦੇ ਹੈ ਨਾ ਇਤਿਹਾਸ ਦੱਸ ਰਿਹਾ, ਇੰਨੇ ਸ਼ੋਰ ਸ਼ਰਾਬੇ, ਟਰੈਕਟਰਾਂ ਦੀਆਂ ਬੇਸਾਂ ਰੇਸਾਂ, ਇਹ ਸਾਰਾ ਚੀਜ਼ਾਂ ਬਈ ਇੱਥੋਂ ਦਾ ਮਾਹੌਲ ਖਰਾਬ ਕਰ ਦਿੰਦੀਆਂ ਜੀ। ਤੇ ਇਹ ਚੀਜ਼ ਚਾਹੀਦੀਆਂ ਸਿੰਘਾਂ ਨੂੰ, ਕਹਿੰਦਾ ਵੀ ਇਹ ਧੱਕਾ ਕਰਦੇ ਸਾਡੇ ਨਾਲ, ਕੁੱਟਮਾਰ ਕਰਦੇ ਜਾਂ ਕੁਛ ਕਰਦੇ, ਇਹ ਚੀਜ਼ ਨਹੀਂ, ਕਿਸੇ ਦਾ ਮਨ ਨਹੀਂ ਕਰਦਾ। ਇੱਥੋਂ ਦਾ ਜੇ ਮਾਹੌਲ ਹੀ ਇੱਦਾਂ ਦਾ ਬਣਿਆ ਹੋਵੇ, ਸਾਰਿਆਂ ਦੇ ਮਨ ਦੇ ਅੰਦਰੋਂ ਉਹ ਗੱਲ ਜਾਗਦੀ ਹੋਵੇ, ਸਾਹਿਬਜ਼ਾਦਿਆਂ ਨਾਲ ਪ੍ਰੇਮ ਹੋਵੇ ਨਾ, ਲੱਗੀ ਹੋਵੇ ਗੱਲ ਨੂੰ, ਤੇ ਸਾਨੂੰ ਨਹੀਂ ਲੋੜ ਮੈਨੂੰ ਲੱਗਦਾ ਵੀ ਕਿਸੇ ਨੂੰ ਰੋਕਣ ਟੋਕਣ ਦੀ। ਸਾਰੇ ਇਹ ਮਨ ਦੇ ਵਿੱਚ ਮਨਚਾ ਲੈ ਕੇ ਆਉਂਦੇ ਲੋਕੀ। ਇਹ ਅੱਧੇ ਤਾਂ ਇਹੀ ਆਉਂਦੇ, ਉਹਨਾਂ ਨੂੰ ਕਹਿਣਗੇ ਅਸੀਂ ਮੇਲੇ ਤੇ ਚੱਲੇ, ਮੇਲਾ ਨਹੀਂ ਗਏ, ਸਭਾ ਹੈ ਜੀ ਇਹ ਜੋੜ ਮੇਲਾ, ਉਹਨਾਂ ਦੀ ਯਾਦ ਵਿੱਚ ਬਹਿ ਕੇ ਜੁੜਨਾ
ਉਹਨਾਂ ਬਾਰੇ ਗੱਲਬਾਤ ਕਰਨੀ, ਉਹਨਾਂ ਦੀ ਜਿਹੜੀ ਉਹਨਾਂ ਦੇ ਚਾਨਣਾ ਪਾਉਣੀ ਉਸ ਇਤਿਹਾਸ ਨੂੰ ਸਾਡੇ ਅੰਦਰ ਤੱਕ ਹਨਾ ਜਿਹੜਾ ਪਹੁੰਚਦੀ ਆ, ਤੇ ਉਹ ਪ੍ਰਚਾਰ ਦੇ ਲਈ ਅਸੀਂ ਇੱਥੇ ਆਉਂਦੇ ਹਾਂ, ਨਾ ਕਿ ਜੋੜ ਮੇਲੇ ਤੋਂ। ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਸਿੱਖ ਹੋਏ ਸਿਰ ਟੋਪੀ ਧਰੇ, ਸਾਥ ਜਨਮੋ ਕੁਸ਼ਤੀ ਹੋਏ ਮਰੇ। ਗੁਰਬਾਣੀ ਦੀਆਂ ਤੁਕਾਂ ਕਹਿੰਦੀਆਂ ਨੇ, ਅਸੀਂ ਆਪਦੇ ਕੋਲੋਂ ਨਹੀਂ ਕਹਿ ਰਹੇ, ਪਰ ਫਿਰ ਵੀ ਉਹਨਾਂ ਤੱਕ ਇਹ ਆਵਾਜ਼ਾਂ ਜਿਹੜੀਆਂ ਗੱਲਾਂ ਪਹੁੰਚਦੀਆਂ ਨੇ, ਪਰ ਉਹ ਕਹਿੰਦੇ ਨੇ ਇਹ ਉਸ ਟੋਪੀ ਦੀ ਗੱਲ ਨਹੀਂ ਕਰੀ ਜਿਹੜੀ ਅੱਜ ਕੱਲ੍ਹ ਲਈ ਫਿਰਦੇ ਆ। ਦੇਖੋ ਜੀ, ਟੋਪੀ ਤਾਂ ਟੋਪੀ ਹੈ, ਜਿਹਨੂੰ ਨਾ ਹੀ ਟੋਪੀ ਦਿੱਤਾ ਗਿਆ ਉਹ ਤਾਂ ਭਾਵੇਂ ਤੁਸੀਂ ਹੁਣ ਵਾਲੇ ਜ਼ਮਾਨੇ ਦੀ ਲੈ ਲਓ, ਭਾਵੇਂ ਜਿਹੜੇ ਡਿਊਟੀ ਨਿਭਾ ਰਹੇ ਤੇ ਉਹ ਤੋਂ ਅਲੱਗ ਤੋਂ ਇਲਾਵਾ ਜੀ ਯੂਨੀਵਰਸਿਟੀ ਦੇ ਜਿੰਨੇ ਵੀ ਸਟੂਡੈਂਟ ਆ ਸਕੇ ਸੀ 200 ਤੋਂ 300 ਹੋਣਗੇ ਅਸੀਂ ਤਕਰੀਬਨ ਸਾਰੇ ਜੀ, ਤੇ ਗੱਤਕੇ ਦੀ ਟੀਮ ਹੈ ਵਿੱਚ ਜੀ। ਹਾਂਜੀ ਹਾਂਜੀ। ਜਦੋਂ ਸਭਾ ਦੇ ਦਿਨ ਆਉਂਦੇ ਨੇ, ਖਾਸ ਕਰਕੇ ਮੈਂ ਵੀ ਚਲੋ ਇੱਥੇ ਹੀ ਪੜ੍ਹਿਆ ਮਾਤਾ ਗੁਜਰੀ ਕਾਲਜ ਦੇ ਵਿੱਚ, ਜਦੋਂ ਸਭਾ ਦੇ ਦਿਨ ਆਉਂਦੇ ਨੇ ਉਦੋਂ ਸਟੂਡੈਂਟਾਂ ਨੂੰ ਇਹ ਹੋ ਜਾਂਦਾ ਵੀ ਹੁਣ ਸਭਾ ਆ ਗਈ ਆ, ਚਲੋ ਲੰਗਰ ਪਾਣੀ ਵੀ ਚੱਲਣਗੇ, ਇੱਥੇ ਹੁੱਲੜਬਾਜ਼ੀ ਵੀ ਕਈ ਕਰਦੇ ਮਿਲ ਜਾਂਦੇ ਨੇ, ਪਰ ਇਸ ਵਾਰ ਤਾਂ ਨਹੀਂ ਕੋਈ ਅਜਿਹਾ ਹੋਇਆ। ਦੇਖੋ ਜੀ, ਮੈਂ ਤਾਂ ਤਕਰੀਬਨ ਹੁਣ ਦੇਖਿਆ ਨਹੀਂ ਹੈਗਾ ਜੀ, ਕਿਉਂਕਿ ਮੈਂ ਤਾਂ ਇਸ ਹਿਸਾਬ 'ਚ ਹੈ ਨਹੀਂ ਸੀਗਾ ਜੀ, ਪਰ ਜਿਨ੍ਹਾਂ ਨੇ ਕਰਨਾ ਜੀ ਉਹ ਤੁਹਾਨੂੰ ਪਤਾ ਜੀ ਵੀ ਹਟ ਨਹੀਂ ਸਕਦੇ, ਠੀਕ ਹੈ ਨਾ। ਬਾਕੀ ਹਾਂ ਕੁਛ ਇਹ ਹੈ ਜਿਹੜੇ ਨਵੇਂ ਨੌਜਵਾਨ ਜਿਵੇਂ ਹੁਣ ਸਿਖਾਇਆ ਜਾਂਦਾ ਜੀ ਹੈ ਨਾ, ਤੇ ਹੁਣ ਨਵੀਂ ਪੀੜ੍ਹੀ ਨੂੰ ਤਾਂ ਇਸ ਵਾਰੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੈ ਜੀ, ਇਹ ਤੁਸੀਂ ਵੀ ਦੇਖਿਆ ਹੀ ਹੋ। ਕਿਹੜਾ ਤੁਹਾਡਾ ਏਰੀਆ? ਮੇਰਾ ਫਤਿਹਗੜ੍ਹ ਸਾਹਿਬ ਹੀ ਹੈ ਜੀ। ਫਤਿਹਗੜ੍ਹ ਸਾਹਿਬ ਜੀ। ਕੋਈ ਬਰਨਾਲੇ ਵਾਲੀ ਸਾਈਡ ਤੋਂ ਹੈਗਾ, ਮੇਰੇ ਵਾਲੇ ਏਰੀਏ ਤੋਂ? ਬਈ ਜੀ ਪਿੱਛੇ ਨਗਰ ਕੀਰਤਨ ਆ ਰਿਹਾ, ਤੁਹਾਡੀ ਇਸ ਵਾਰ ਡਿਊਟੀ ਲੱਗੀ ਆ ਕਿ ਮਾਤਾ ਗੁਜਰੀ ਕਾਲਜ ਵਾਲਿਆਂ ਦੀ ਲੱਗਦੀ ਹੁੰਦੀ ਸੀ, ਹੈ ਨਾ। ਕਿਵੇਂ ਦਾ ਅੱਜ ਦਾ ਮਾਹੌਲ ਕੀ ਕਹਿੰਦਾ ਗਾ ਜੋ ਅੱਜ ਤੁਸੀਂ ਇੱਥੇ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋ, ਜਾਂ ਜਿਹੜੀ ਇਹ ਸਭਾ ਗਈ ਸ਼ਹੀਦੀ ਸਭਾ, ਇਸ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਬਦਲਾਅ ਦੇਖਣ ਨੂੰ ਮਿਲਿਆ, ਕਿੰਨਾ ਕੁ ਜਿਹੜਾ ਕਿ ਵੱਖਰਾ ਪਹਿਲਾਂ ਨੂੰ? ਬਾਈ ਜੀ ਪਹਿਲਾਂ ਨਾਲ ਤਾਂ ਬਹੁਤ ਬਦਲਾਅ ਦੇਖਿਆ, ਜਿਹੜੇ ਨੌਜਵਾਨ ਪੀੜ੍ਹੀ ਆ ਆਪਣੀ ਸਿੱਖੀ ਵੱਲ ਬਹੁਤ ਆ ਰਹੀ ਆ, ਤੇ ਆਪਣਾ ਗੁਰੂ ਸਾਹਿਬ ਦਾ ਬਹੁਤ ਹੋ ਰਿਹਾ, ਬਲਕਿ ਨੌਜਵਾਨ ਸਭਾ ਵੱਧ ਤੋਂ ਵੱਧ ਆਪਣਾ ਸਿੱਖੀ ਵੱਲ ਆਓ। ਤਾਂ ਇਹਨਾਂ ਦੀ ਅਪੀਲ ਆ, ਇਹ ਅਸੀਂ ਤਾਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਟੂਡੈਂਟ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟ ਨੇ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਜਿਹੜੀਆਂ ਕਿ ਤਸਵੀਰਾਂ ਉਹ ਸਾਂਝੀਆਂ ਕੀਤੀਆਂ ਹਨ। ਖਾਸ ਕਰਕੇ ਸਟੂਡੈਂਟਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਅਸੀਂ ਖੁਦ ਇਸ ਜਗ੍ਹਾ ਤੋਂ, ਇਸ ਧਰਤੀ ਤੋਂ ਪੜ੍ਹ ਕੇ ਗਏ ਹਾਂ। ਇਸ ਧਰਤੀ ਨੇ ਜੋ ਵੀ ਦਿੱਤਾ ਅੱਜ ਤੁਹਾਡੇ ਸਾਹਮਣੇ ਆ। ਇਸ ਧਰਤੀ 'ਤੇ ਜਿੰਨੇ ਸਟੂਡੈਂਟ ਪੜ੍ਹਦੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਹੋ ਸਕੇ। ਸਾਡੀ ਗੁਰਬਾਣੀ ਦੀਆਂ ਤੁਕਾਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤਾਂ ਹਰ ਇੱਕ ਕੰਮ ਦੇ ਵਿੱਚ, ਹਰ ਇੱਕ ਜੇਕਰ ਦੇਖਿਆ ਜਾਵੇ ਤਾਂ ਹਰ ਇੱਕ ਪਾਸੇ ਬੀਬੀਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਮਾਤਾਵਾਂ ਦਾ, ਭੈਣਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਕਿ ਜਦੋਂ ਕਿਹਾ ਜਾਂਦਾ ਕਿ ਮਾਂ ਦੀ ਹੱਲਾਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਉਸੇ ਮਾਂ ਦੀ ਹੱਲਾਸ਼ੇਰੀ ਹੀ ਪੁੱਤ ਨੂੰ ਡਰਪੋਕ ਵੀ ਬਣਾ ਦਿੰਦੀ ਆ ਜੇਕਰ ਮਾਂ ਅਜਿਹੀਆਂ ਗੱਲਾਂ ਕਰਨ ਲੱਗ ਜੇ। ਤਾਂ ਇਹ ਤਸਵੀਰਾਂ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਾਤਾ ਸਾਹਿਬ ਕੌਰ, ਮਾਈ ਭਾਗੋ ਦੀਆਂ ਜਿਹੜੀਆਂ ਕਿ ਵਾਰਸਾਂ ਨੇ, ਉਹਨਾਂ ਦੀਆਂ ਜਿਹੜੇ ਕਿ ਦਰਸ਼ਨ ਆ ਉਹ ਵੀ ਅਸੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਕਿ ਉਹ ਵੀ ਸਾਹਮਣੇ ਆਊਗਾ। ਤਾਂ ਅਸੀਂ ਗੱਲ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਇੱਥੋਂ ਦੀ ਹੋ ਤੁਸੀਂ? ਉਰੋਂ ਦੀ ਰਹਿਣ ਵਾਲੇ ਹੋ? ਤਾਂ ਤੁਸੀਂ ਇਸੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚੋਂ ਹੀ? ਹਾਂਜੀ ਸਰ। ਮੈਮ ਕਿਵੇਂ ਦਾ ਜਿਹੜਾ ਕਿ ਮਾਹੌਲ ਆ ਜੋ ਇਹ ਦਿਖਾਈ ਦੇ ਰਿਹਾ? ਇਹ ਕਿਹਾ ਜਾਂਦਾ ਕਿ ਮਾਂ ਦੀ ਹੱਲਾਸ਼ੇਰੀ ਆ ਜਿਹੜੀ ਉਹ ਪੁੱਤ ਨੂੰ ਸ਼ੇਰ ਬਣਾ ਦਿੰਦੀ ਆ, ਤੇ ਮਾਂ ਹੀ ਹੁੰਦੀ ਆ ਜਿਹੜੀ ਕਿ ਇਤਿਹਾਸ ਦੱਸ ਸਕਦੀ ਹੁੰਦੀ ਹੈ ਤੇ ਇਤਿਹਾਸ ਤੋਂ ਪਾਸੇ ਕਰ ਸਕਦੀ ਹੁੰਦੀ। ਤਾਂ ਠੀਕ ਹੈ ਸਰ, ਇੱਕ ਮਾਂ ਤਾਂ ਪਹਿਲੀ ਗੁਰੂ ਹੁੰਦੀ ਹੈ ਬੱਚੇ ਦੀ, ਸੋ ਇਹ ਕਹਿਣਾ ਸੱਚ ਹੈ ਕਿ ਮਾਂ ਬੱਚੇ ਦੀ ਪਹਿਲੀ ਗੁਰੂ, ਉਹ ਸਭ ਕੁਝ ਸਿਖਾਉਂਦੀ ਹੈ, ਤੇ ਉਹਦੇ ਨਕਸ਼ੇ ਕਦਮ ਤੇ ਜੇ ਬੱਚਾ ਚੱਲੇ ਤਾਂ ਸਕਸੈਸ ਹੋ ਸਕਦਾ। ਠੀਕ ਹੈ ਸਰ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮੈਮ ਜਦੋਂ ਯੂਨੀਵਰਸਿਟੀ ਦੇ ਵਿੱਚ ਜਵਾਕ ਆਉਂਦੇ ਨੇ, ਸਟੂਡੈਂਟ ਆਉਂਦੇ ਨੇ, ਤਾਂ ਅਕਸਰ ਗੱਲਾਂ ਚੱਲਦੀਆਂ ਹੋਣੀਆਂ ਇਸ ਧਰਤੀ ਦੀਆਂ, ਇਸ ਜਗ੍ਹਾ ਦੀਆਂ। ਹਾਂਜੀ ਸਰ, ਸਾਨੂੰ ਲੋਕੀ ਕਹਿੰਦੇ ਤੁਸੀਂ ਬੜੇ ਬੜੇ ਭਾਗੇ ਹੋ ਜਿਹੜੇ ਇਸ ਧਰਤੀ ਤੋਂ, ਸਭ ਤੋਂ ਮਹਿੰਗੀ ਧਰਤੀ ਗਿਣੀ ਜਾਂਦੀ ਹੈ, ਇੱਥੇ ਤੁਸੀਂ ਰਹਿ ਰਹੇ ਹੋ, ਤਾਂ ਅਸੀਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਹਾਂ। ਔਰ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਦੱਸਦੇ ਹਾਂ ਕਿ ਉਹ ਜਿਹੜੇ ਗੁਰੂਆਂ ਨੇ ਸਾਡੇ ਜਿਹੜੇ ਕਦਮਾਂ 'ਤੇ ਉਹ ਚੱਲੇ ਨੇ, ਉਹਨਾਂ 'ਤੇ ਸਾਡੇ ਬੱਚੇ ਚੱਲਣ ਤਾਂ ਅੱਗੇ ਜਾ ਕੇ ਸਕਸੈਸ ਹੋਣਗੇ। ਤੇ ਇਤਿਹਾਸ ਨੂੰ ਉਹਨਾਂ ਨੂੰ ਜਾਣੂ ਕਰਨਾ ਬਹੁਤ ਜ਼ਰੂਰੀ ਹੈ। ਇਤਿਹਾਸ ਨਾਲ ਜਾਣੂ ਹੋਣਗੇ ਤਾਂ ਹੀ ਉਹਨਾਂ ਦੇ ਗੁਰੂਆਂ ਦੇ ਨਕਸ਼ੇ ਕਦਮ 'ਤੇ ਚੱਲ ਸਕਣਗੇ। ਅਕਸਰ ਟੀਚਰਾਂ ਦੇ ਨਾਲ ਅਸੀਂ ਵੀ ਗੱਲਾਂ ਪੈ ਜਾਂਦੇ ਸੀ ਕਿ ਉਹ ਦਿਨ ਕਿਹੋ ਜਿਹੇ ਸੀ, ਉਹ ਦਿਨ, ਉਹ ਉਹਨਾਂ ਦੇ ਜਿਹੜੀਆਂ ਕਿ ਜ਼ਰੂਰਤਾਂ ਕਿੰਨੀਆਂ ਸੀਗੀਆਂ ਉਹ ਛੋਟੇ ਸਾਹਿਬਜ਼ਾਦਿਆਂ ਦੀਆਂ। ਤਾਂ ਜਦੋਂ ਉਹ ਗੱਲਾਂ ਕਰਦੇ ਸੀ ਤਾਂ ਮਨ ਭਰ ਆਉਂਦਾ ਸੀ, ਬਰਾਗ ਦੇ ਵਿੱਚ ਅੱਖਾਂ ਵੀ
ਨਮ ਹੋ ਜਾਂਦੀਆਂ ਸੀ। ਅਜਿਹਾ ਕਦੇ ਹੋਇਆ ਤੁਹਾਡੇ ਨਾਲ, ਜਿਵੇਂ ਤੁਸੀਂ ਕਈ ਵਾਰ ਸਟੂਡੈਂਟਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਗੱਲ ਕਰਦੇ ਹੋ? ਹਾਂਜੀ ਸਰ, ਫੀਲਿੰਗਸ ਅਸੀਂ ਆਪਣੇ ਆਪ ਦੇ ਅੰਦਰ ਮਹਿਸੂਸ ਕਰਦੇ ਹਾਂ। ਅਸੀਂ ਤਾਂ ਮਤਲਬ ਕਿਨਕਾਂ ਪਰ ਵੀ ਨਹੀਂ ਹੈ ਉਹਦੇ ਅੱਗੇ, ਜਿਹੜੀ ਗੁਰਬਾਣੀਆਂ ਉਹਨਾਂ ਨੇ ਕੀਤੀਆਂ ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਪਰ ਅਸੀਂ ਬੱਚਿਆਂ ਨੂੰ ਜ਼ਰੂਰ ਸਿੱਖਿਆ ਜ਼ਰੂਰ ਦਿੰਦੇ ਹਾਂ ਕਿ ਤੁਸੀਂ ਜੇ ਆਪਾਂ ਕੋਈ ਮਾਡਲ ਰੱਖਣੇ ਆ, ਰੋਲ ਰੱਖਣਾ ਕਿ ਆਪਾਂ ਉਹਦੇ ਨਜ਼ਦੀਕ ਪਹੁੰਚਣਾ, ਜੇ ਕੋਸ਼ਿਸ਼ ਕਰਾਂਗੇ ਤਾਂ ਥੋੜ੍ਹਾ ਜਿਹਾ ਤਾਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਆਪਾਂ ਕਰ ਹੀ ਸਕਦੇ ਹਾਂ। ਤੇ ਹੋ ਵੀ ਸਕਦਾ ਹੈ ਕਿ ਆਪਾਂ ਕਰੀਬ ਪਹੁੰਚੀਏ, ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਜਿਹੜੀਆਂ ਕਿ ਇੱਥੋਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਪਿੱਛੇ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਟੀਮ ਆ ਗੱਤਕੇ ਦੀ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਕੌਮ ਜਿਹੜੀ ਕਿ ਸ਼ਾਸਤਰਾਂ 'ਚੋਂ ਜੰਮੀ ਆ ਅਤੇ ਸ਼ਾਸਤਰਾਂ 'ਚ ਹੀ ਇਹਨੇ ਮਰ ਮਿਟ ਜਾਣਾ। ਤਾਂ ਇਹ ਸ਼ਾਸਤਰ ਨੇ, ਕੋਸ਼ਿਸ਼ ਕਰਾਂਗੇ ਜਾਣਨ ਦੀ ਇਹਨਾਂ ਸ਼ਾਸਤਰਾਂ ਦੇ ਬਾਰੇ, ਇਹਨਾਂ ਨੂੰ ਕੀ ਕੀ ਕਿਹਾ ਜਾਂਦਾ ਹੈ ਸ਼ਾਸਤਰਾਂ ਦੀ ਜੋ ਇੱਥੇ ਹੈ। ਇਸ ਭਾਈ ਸ਼ਸਤਰ ਸਿੰਪਲ ਮੈਨੂੰ ਇਦਾਂ ਤੇ ਪਤਾ ਵਾ ਕਿ ਕਿਰਪਾਨ ਮੇਰੇ ਉਸਤਾਦ ਜੀ ਉਹਨਾਂ ਨੂੰ ਸਾਰਾ ਪਤਾ ਵਾ। ਇਹਨਾਂ ਸ਼ਸਤਰਾਂ ਦੇ ਨਾਮ ਬਹੁਤ ਗੁੱਝੇ ਆ। ਕਿੱਥੇ ਨੇ ਉਸਤਾਦ ਜੀ ਤੁਹਾਡੇ? ਉਸਤਾਦ ਜੀ ਲਾਗੇ ਨਾਲ ਹੀ ਆ ਜੀ। ਬੁਲਾ ਲਿਓ ਥੋੜਾ ਜਿਹਾ, ਆਪਾਂ ਕਰ ਲਈਏ ਗੱਲਬਾਤ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਾਸਤਰਾਂ ਦੇ ਬਾਰੇ ਬਹੁਤ ਕੁਝ ਜਿਹੜਾ ਕਿ ਸਾਹਮਣੇ ਆਉਂਦਾ ਰਿਹਾ। ਇਹਨਾਂ ਸ਼ਾਸਤਰਾਂ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਨੇਜ਼ਾ, ਕਿਰਪਾਨ, ਜਿਹੜੇ ਕਿ ਆਮ ਲੋਕਾਂ ਨੂੰ ਬਹੁਤ ਥੋੜੇ ਸ਼ਾਸਤਰਾਂ ਦਾ ਪਤਾ ਹੁੰਦਾ, ਪਰ ਇੱਥੇ ਤਾਂ ਬਹੁਤ ਜ਼ਿਆਦਾ ਪਏ ਨੇ। ਮੈਡਮ ਸ਼ਾਸਤਰਾਂ ਬਾਰੇ ਦੱਸ ਦਿਓ ਸਾਰਾ, ਆਪਣੇ ਕਿਹੜੇ ਕਿਹੜੇ ਸ਼ਾਸਤਰ ਨੇ? ਹਾਂਜੀ, ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਕੀਆਂ ਜਿੰਦਾ ਵੱਡੇ ਛੱਕੇ ਜੋ ਇਹਦੇ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ। ਇਹ ਜੋ ਤੁਸੀਂ ਟੀਮ ਦੇਖ ਰਹੇ ਹੋ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਜੋ ਅਧੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਆਉਂਦੀ ਹੈ, ਉੱਥੇ ਦੇ ਸਾਰੇ ਵਿਦਿਆਰਥੀ ਹਨ। ਜਿੱਥੇ ਸਿੰਘ ਜ਼ੋਰ ਦਿਖਾ ਰਹੇ ਨੇ, ਉਹਦੇ ਸਿੰਘੜੀਆਂ ਵੀ ਜਿਹੜੇ ਸਾਡੀ ਸਿੱਖ ਮਾਰਸ਼ਲ ਆਰਟ ਗੱਤਕਾ ਹੈ ਉਹਦਾ ਜਿਹੜਾ ਕਰਤੱਵ ਦਿਖਾ ਰਹੇ ਨੇ। ਤੇ ਸ਼ਸਤਰਾਂ ਦੀ ਤੁਸੀਂ ਗੱਲ ਕੀਤੀ, ਇਹਦੇ ਵਿੱਚ ਸ਼ਸਤਰ ਜਿਹੜੇ ਹੈਗੇ ਨੇ ਉਹ ਅਲੱਗ-ਅਲੱਗ ਪ੍ਰਕਾਰ ਦੇ ਸ਼ਸਤਰ ਹੈਗੇ ਜਿਹੜੇ ਪੁਰਾਤਨ ਸਾਡੇ ਸ਼ਸਤਰ ਹੁੰਦੇ ਸੀ। ਜਿੱਦਾਂ ਮੈਂ ਸ਼ਸਤਰਾਂ ਦੇ ਇੱਕ ਸਵਈਏ ਦੀ ਗੱਲ ਕਰਾਂ, ਅਸਕਰ, ਬਾਣ, ਖੰਡੋ, ਖੜਕ, ਤੁਬਕ, ਤਬਰ, ਤੀਰ, ਸਹਿਬ, ਸਰੋਈ, ਸੈਥੀ, ਇਹ ਹਮਾਰੇ ਪੀਰ। ਗੁਰੂ ਸਾਹਿਬ ਨੇ ਇਹਨਾਂ ਨੂੰ ਪੀਰ ਦਾ ਦਰਜਾ ਦਿੱਤਾ ਹੈਗਾ। ਸੋ ਜਿੱਥੇ ਗੁਰੂ ਸਾਹਿਬ ਨੇ ਭਗਤੀ ਦੀ ਗੱਲ ਕੀਤੀ ਹੈ, ਉੱਥੇ ਸ਼ਕਤੀ ਦੀ ਵੀ ਗੱਲ ਕੀਤੀ ਹੈ। ਮੀਰੀ ਤੇ ਪੀਰੀ ਤਲਵਾਰਾਂ ਦਾ ਵੀ ਜਿਹੜਾ ਹੈਗਾ ਅਰਥ ਇਹੀ ਸੀ ਵੀ ਜਿੱਥੇ ਸਿੱਖਾਂ ਨੇ ਨਾਮ ਬਾਣੀ ਕਰਨੀ ਹੈ ਤਾਂ ਉੱਥੇ ਇਸ ਦੇ ਨਾਲ ਜਿਹੜਾ ਹੈਗਾ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਬਿਲਕੁਲ। ਜਿਵੇਂ ਸ਼ਾਸਤਰਾਂ ਦੇ ਉੱਪਰ ਅਕਸਰ ਸਵਾਲ ਉੱਠਦੇ ਨੇ ਕਿ ਇਹ ਸ਼ਾਸਤਰਾਂ ਦੀ ਪ੍ਰਦਰਸ਼ਨੀ ਕਰਦੇ ਨੇ, ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਅਜਿਹੇ ਟਵੀਟ ਵੀ ਆਉਂਦੇ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਜਿਹੜੇ ਅਜਿਹੇ ਬਿਆਨ ਦੇ ਦਿੰਦੇ ਨੇ ਜਾਂ ਅਜਿਹਾ ਕੁਝ ਬੋਲ ਜਾਂਦੇ ਨੇ? ਦੇਖੋ ਜੀ, ਜੇਕਰ ਤੁਸੀਂ ਕੋਈ ਕੰਮ ਕਰੋਗੇ ਤਾਂ ਤੁਹਾਡੇ ਵਿਰੋਧੀ ਤਾਂ ਹੋਣਗੇ, ਕੋਈ ਵੀ ਫੀਲਡ ਹੈ, ਠੀਕ ਹੈ ਜੀ। ਇਸ ਕਰਕੇ ਸਿੱਖ ਕੌਮ ਦੇ ਜਿਹੜਾ ਹੈਗਾ ਵਿਰੋਧ ਸ਼ੁਰੂ ਤੋਂ ਹੁੰਦਾ ਹੈ, ਕੋਈ ਨਵੀਂ ਗੱਲ ਨਹੀਂ ਹੈਗੀ, ਠੀਕ ਹੈ। ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਇਹ ਸੰਕਲਪ ਬਖਸ਼ਿਆ ਹੈਗਾ ਵੀ ਜਿੱਥੇ ਅਸੀਂ ਬਾਣੀ ਪੜ੍ਹਨੀ ਹੈ, ਬਾਣੀ ਦੇ ਨਾਲ ਜਿਹੜੀ ਹੈਗੀ ਆ ਅਸੀਂ ਸ਼ਸਤਰ ਵਿਦਿਆ ਵੀ ਜਿਹੜੀ ਹੈਗੀ ਨਾਲ ਲਿਖਣੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੁਕਮ ਹੈ ਵੀ ਸ਼ਸਤਰ ਵਿਦਿਆ, ਕਿਉਂਕਿ ਸਿੱਖ ਧਰਮ ਦੇ ਵਿੱਚ ਜੇ ਦੇਖੀਏ ਤਾਂ 6ਵੇਂ ਪਾਤਸ਼ਾਹ ਤੋਂ ਸ਼ਸਤਰ ਵਿਦਿਆ ਦੀ ਸ਼ੁਰੂਆਤ ਹੋਈ ਹੈ। ਕਿਉਂਕਿ ਉਹਨਾਂ ਨੂੰ 2 ਤਲਵਾਰਾਂ ਜੋ ਧਾਰਨ ਕਰਾਈਆਂ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀਆਂ, ਠੀਕ ਹੈ। ਕਿਉਂਕਿ ਵਿਰੋਧੀ ਤਾਂ ਦੇਖੋ ਅਕਸਰ ਕੋਈ ਵੀ ਕੰਮ ਕਰਦੇ ਉੱਥੇ ਵਿਰੋਧ ਤਾਂ ਹੁੰਦਾ ਹੀ ਹੈ, ਪਰ ਅਸੀਂ ਇਸ ਵਿਰੋਧ ਨੂੰ ਕੁਝ ਨਹੀਂ ਸਮਝਦੇ ਹੈਗੇ, ਠੀਕ ਹੈ। ਸਾਡਾ ਜੋ ਗੁਰੂ ਸਾਹਿਬ ਦਾ ਸੰਕਲਪ ਹੈ ਇਸ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ, ਇਹ ਚੱਲਦਾ ਰਹੇਗਾ ਤੇ ਅੱਗੇ ਵੀ ਚੱਲ ਰਿਹਾ ਹੈ, ਆਉਣ ਵਾਲੇ ਟਾਈਮ 'ਚ ਵੀ ਚੱਲਦਾ ਰਹੇਗਾ ਜੀ ਇਹ। ਜੀ ਬਿਲਕੁਲ ਜੀ। ਤਾਂ ਬਹੁਤ ਬਹੁਤ ਧੰਨਵਾਦ। ਅਸੀਂ ਇੱਧਰਲੇ ਪਾਸੇ ਚੱਲਦੇ ਹਾਂ। ਕਿੰਨੀ ਕੁ ਮੁਸ਼ਕਿਲ ਆ ਰਹੀ ਆ ਸੰਗਤ ਨੂੰ ਕੰਟਰੋਲ ਕਰਨ ਦੇ ਵਿੱਚ? ਸਰ ਬਹੁਤ ਆ ਰਹੀ ਹੈ, ਕਈ ਤਾਂ ਸੁਣਦੇ ਵੀ ਨਹੀਂ ਹੈਗੇ, ਜਿੱਦਾਂ ਅਸੀਂ ਕਈ ਜਾਣੇ ਕਿ ਪਿੱਛੇ ਹੋ ਜਾ ਹੁੰਦੇ ਹੀ ਨਹੀਂ ਹੈਗੇ ਸਰ, ਬਹੁਤ ਜ਼ਿਆਦਾ ਆ ਰਹੀ ਹੈ। ਕਿਹੜੇ ਥਾਂ ਤੋਂ ਦੱਸੋ? ਸਰ ਮੈਂ ਤਾਂ ਵੈਸੇ ਫਤਿਹਗੜ੍ਹ ਸਾਹਿਬ ਤੋਂ ਹੀ ਆ ਲੋਕਲ, ਬਟ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟਸ ਹਾਂ। ਤੇ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੇ ਸਟੂਡੈਂਟਾਂ ਨਾਲ ਗੱਲ ਕਰੀ ਜਾਵੇ। ਅਸੀਂ ਵੀ ਸਟੂਡੈਂਟ ਰਹੇ ਹਾਂ ਇੱਥੋਂ ਦੇ ਕਦੇ। ਅੱਛਾ ਜੀ, ਹਾਂਜੀ ਸਰ, ਅਸੀਂ ਬਹੁਤ ਜ਼ਿਆਦਾ ਸਾਡੀ ਸਰ ਲੱਗੀ ਹੋਈ ਹੈ, ਅਸੀਂ ਕੈਂਪ ਲੱਗਿਆ ਹੋਇਆ 7 ਦਿਨ ਦਾ ਹੀ ਲੱਗਿਆ ਹੋਇਆ ਸਰ ਅਸੀਂ, ਤੇ ਸਰ ਅਸੀਂ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਹੁਣ ਦਿੱਕਤਾਂ ਆਉਂਦੀਆਂ ਨੇ, ਕੈਂਪਾਂ ਕੁੰਪਾਂ 'ਚ ਘਰ ਦੇ ਮਨਾ ਕਰ ਦਿੰਦੇ ਨੇ ਵੀ ਨਹੀਂ ਜਾਣਾ ਹੈਗਾ, ਕਦੇ ਕੋਈ ਅਜਿਹੀ ਮੁਸ਼ਕਲ ਤਾਂ ਨਹੀਂ ਆਈ ਤੁਹਾਨੂੰ? ਨਹੀਂ ਸਰ, ਮੈਨੂੰ ਨਹੀਂ ਆਈ, ਕਿਉਂਕਿ ਸਰ ਮੈਂ ਇੱਥੇ ਦੀ ਆ, ਫਤਿਹਗੜ੍ਹ ਸਾਹਿਬ ਦੀ ਹਾਂ, ਤੇ ਮੇਰੇ ਘਰਦਿਆਂ ਨੂੰ ਪਤਾ ਹੈ ਕਿ ਇੱਥੇ ਦਾ, ਉਹਨਾਂ ਨੂੰ ਸਾਰਾ ਪਤਾ ਹੈ, ਜਿੱਦਾਂ ਛੋਟੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਨੂੰ ਸਭ ਕੁਝ ਪਤਾ ਹੈ, ਤੇ ਉਹਨਾਂ ਨੇ ਮੈਨੂੰ ਕੋਈ ਰੋਕ ਟੋਕ ਨਹੀਂ ਕੀਤੀ। ਜਿੱਦਾਂ ਅਸੀਂ ਸਵੇਰੇ ਸਾਨੂੰ ਖੁਦ ਛੱਡ ਕੇ ਜਾਂਦੇ ਨੇ, ਖੁਦ ਲੈ ਕੇ ਜਾਂਦੇ ਨੇ ਸਰ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਅਮਲੋਹ ਤੋਂ ਹਾਂ ਸਰ। ਅਸੀਂ ਕੀ ਕਹਿੰਦੇ ਨੇ ਉਰੇ ਡੇਲੀ ਅਪ ਡਾਊਨ ਕਰਦੇ ਹਾਂ, ਯੂਨੀਵਰਸਿਟੀ 'ਚ ਪੜ੍ਹਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ।
ਸਰ ਸਾਨੂੰ ਬਹੁਤ ਮਾਣ ਆ, ਅਸੀਂ ਸਿੱਧਾ ਹੀ ਧਰਤੀ ਤੇ ਉਰੇ ਪੜ੍ਹਦੇ ਆ, ਸਾਨੂੰ ਉਰੇ ਘਰ ਦੇ ਭੇਜਦੇ ਨੇ, ਸਾਨੂੰ ਸਾਡੇ ਘਰ ਦੇ ਕਹਿੰਦੇ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਕਈਆਂ ਨੂੰ ਅਲਾਓ ਨਹੀਂ ਕਰਦੇ ਗਰਲਜ਼ ਨੂੰ, ਤੇ ਉਰੇ ਹੋਸਟਲ ਪ੍ਰੋਵਾਈਡ ਕਰਦੇ ਨੇ ਜਦੋਂ ਕੈਂਪ ਲੱਗਦਾ ਆ, ਤੇ ਨਾਈਟ ਦੀ ਡਿਊਟੀ ਨਹੀਂ ਜੇ ਅਲਾਓ ਕਰਦੇ ਘਰ ਤਾਂ ਅਪ ਡਾਊਨ ਵੀ ਕਰ ਸਕਦੇ ਆ ਆਪਾਂ। ਤੇ ਸਾਨੂੰ ਸਾਡੇ ਪੇਰੈਂਟਸ ਕਹਿੰਦੇ ਨੇ ਸਾਨੂੰ ਆਪਾਂ ਸਿੱਧਾ ਹੀ ਧਰਤੀ ਦੇ ਨੇ, ਸਾਨੂੰ ਸ਼ਹਾਦਤ ਦੀ ਧਰਤੀ ਤੇ ਸੇਵਾ ਕਰਨੀ ਚਾਹੀਦੀ ਆ, ਤਾਂ ਹੀ ਭੇਜਦੇ ਨੇ ਸਾਨੂੰ, ਤੇ ਸਾਨੂੰ ਬਹੁਤ ਮਾਣ ਆ, ਅਸੀਂ ਹਿੱਸਾ ਬਣ ਰਹੇ ਆ ਇੱਥੇ ਸ਼ਹਾਦਤ ਦੀ ਧਰਤੀ ਦਾ। ਜੀ ਬਿਲਕੁਲ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਚੱਲ ਕੇ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਇਕੱਲੇ ਪੱਖ ਤੋਂ ਜਿਹੜੀ ਕਿ ਗੱਲ ਕਰਨੀ ਚਾਹਾਂਗੇ। ਤਾਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਸ ਦੇ ਉੱਪਰ ਸਲੋਗਨ ਲਿਖੇ ਗਏ ਨੇ, ਇਹਨਾਂ ਫੱਟਿਆਂ ਦੇ ਉੱਪਰ ਜੋ ਸਲੋਗਨ ਲਿਖੇ ਗਏ ਨੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਤਾਂ ਇਹ ਉਹਨਾਂ ਬੀਬੀਆਂ ਦੇ ਲਈ ਵੀ ਸਲੋਗਨ ਲਿਖੇ ਗਏ ਨੇ ਜਿਹੜੀਆਂ ਸੱਸਾਂ ਬਣ ਜਾਂਦੀਆਂ ਨੇ, ਸੱਸਾਂ ਬਣ ਕੇ ਫਿਰ ਨੂੰਹ ਨੂੰ ਕਹਿੰਦੀਆਂ ਨੇ ਕਿ ਮੁੰਡਾ ਹੋਣਾ ਚਾਹੀਦਾ, ਕੁੜੀ ਨਹੀਂ ਹੋਣੀ ਚਾਹੀਦੀ, ਤਾਂ ਜੋ ਉਹ ਇਹ ਗੱਲਾਂ ਦੇਖ ਲੈਣ ਕਿ ਇਹ ਨੌਜਵਾਨ ਕੁੜੀਆਂ ਇਸ ਧਰਤੀ ਤੇ ਨੇ ਜੋ ਇੱਥੇ ਸੇਵਾ ਕਰ ਰਹੀਆਂ ਨੇ। ਤਾਂ ਅਸੀਂ ਚੱਲਦੇ ਹਾਂ ਅੱਗੇ, ਪ੍ਰੋਫੈਸਰ ਸਾਹਿਬ ਖੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੀ ਜਗ੍ਹਾ ਤੇ ਪੜ੍ਹੇ ਆ, ਮਾਤਾ ਗੁਜਰੀ ਕਾਲਜ ਦੇ ਵਿੱਚ ਪੜ੍ਹ ਕੇ ਗਏ ਆ। ਅੱਜ ਬੜਾ ਵਧੀਆ ਲੱਗ ਰਿਹਾ ਕਿ ਸਟੂਡੈਂਟਾਂ ਨੂੰ ਅਸੀਂ ਪੁੱਛ ਰਹੇ ਹਾਂ ਕਿ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਇੱਥੇ ਸੇਵਾ ਕਰਕੇ, ਕੀ ਕੁਝ ਸਾਹਮਣੇ ਆ ਰਿਹਾ। ਤੁਸੀਂ ਆਈ ਵਾਰ ਇੱਥੇ ਦੇਖਦੇ ਹੋ ਸਰ, ਮਤਲਬ ਕਿੰਨੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨਾ ਕਿ ਜਿਹੜਾ ਕਿ ਕੌਮ ਜਾਂ ਸਟੂਡੈਂਟਾਂ ਨੂੰ ਜਾਂ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ, ਜਾਂ ਕਿੰਨਾ ਕੁ ਤੁਸੀਂ ਦੱਸਦੇ ਰਹਿੰਦੇ ਆ। ਦੇਖੋ, ਯੂਨੀਵਰਸਿਟੀ ਵੱਲੋਂ ਅਸੀਂ ਹਰ ਇੱਕ ਜਿਹੜੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਆ, ਗੁਰੂ ਸਾਹਿਬਾਨ ਦੇ ਸ਼ਹੀਦੀ ਪੁਰਬ ਆ, ਜਾਂ ਹੋਰ ਸਿੱਖੀ ਨਾਲ ਜਿਹੜੇ ਸੰਬੰਧਿਤ ਦਿਹਾੜੇ ਆ, ਅਸੀਂ ਯੂਨੀਵਰਸਿਟੀ ਵਿੱਚ ਹਰ ਵਾਰੀ ਲਗਾਤਾਰ ਮਨਾਉਂਦੇ ਆ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਇਤਿਹਾਸ ਨਾਲ ਜਾਣੂ ਕਰਾਈਏ। ਉਸ ਤੋਂ ਇਲਾਵਾ ਅਸੀਂ ਸਾਰੇ ਕੋਰਸਾਂ ਦੇ ਵਿੱਚ ਸਾਰੇ ਬੱਚਿਆਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਬਾਰੇ ਇੱਕ ਪੇਪਰ ਬੱਚਿਆਂ ਨੂੰ ਪਾਸ ਕਰਨਾ ਪੈਂਦਾ ਆ, ਔਰ ਸਾਰੇ ਬੱਚੇ ਕੰਪਲਸਰੀ ਪੇਪਰ ਪੜ੍ਹਦੇ ਆ। ਉਸ ਤੋਂ ਇਲਾਵਾ ਅਸੀਂ ਪੰਜਾਬੀ ਦਾ ਵਿਸ਼ਾ ਜਿਹੜਾ ਆ ਸਾਰੇ ਕਲਾਸਾਂ ਵਾਸਤੇ ਲਾਗੂ ਕੀਤਾ ਆ। ਹਰ ਇੱਕ ਸਮੈਸਟਰ ਦੇ ਵਿੱਚ ਬੱਚੇ ਪੰਜਾਬੀ ਦਾ ਵਿਸ਼ਾ ਪੜ੍ਹਦੇ ਆ, ਤੇ ਸਿੱਖ ਇਤਿਹਾਸ ਬਾਰੇ ਵੀ ਅਸੀਂ ਬੱਚਿਆਂ ਨੂੰ ਵੈਲਿਊ ਐਡਡ ਕੋਰਸਿਸ ਦੇ ਵਿੱਚ ਪੜ੍ਹਾਉਂਦੇ ਆ। ਤੇ ਉਸ ਤੋਂ ਇਲਾਵਾ ਅਸੀਂ ਇੱਕ ਗੱਤਕੇ ਦਾ ਡਿਪਲੋਮਾ ਸ਼ੁਰੂ ਕੀਤਾ ਹੈ ਯੂਨੀਵਰਸਿਟੀ ਦੇ ਵਿੱਚ, ਜਿਹਦੇ ਵਿੱਚ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਤੇ 30 ਸੀਟਾਂ ਦੇ ਨਾਲ ਇੱਕ ਸਾਡਾ ਕੋਰਸ ਬਹੁਤ ਸਫਲਤਾਪੂਰਵਕ ਚੱਲ ਰਿਹਾ ਆ। ਉਸ ਤੋਂ ਇਲਾਵਾ 100 ਅੰਮ੍ਰਿਤਧਾਰੀ ਬੱਚੀਆਂ ਜਿਹੜੀਆਂ ਕਿ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਆ, ਇਹਨਾਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਆ। ਯੂਨੀਵਰਸਿਟੀ ਦੀ ਫੀਸ, ਹੋਸਟਲ ਦੀ ਰਿਹਾਇਸ਼ ਤੇ ਹੋਸਟਲ ਦੇ ਖਾਣੇ ਦਾ ਕੋਈ ਖਰਚਾ ਨਹੀਂ ਲੈਂਦਾ ਬੱਚਿਆਂ ਤੋਂ, ਤੇ ਇਹਨਾਂ ਬੱਚਿਆਂ ਨੂੰ ਸਵੇਰ ਤੇ ਸ਼ਾਮ ਦਾ ਨਿਤਨੇਮ ਕਰਵਾਇਆ ਜਾਂਦਾ ਹੈ ਤਾਂ ਕਿ ਇਹ ਸਾਡੇ ਇੱਕ ਦੂਤ ਵਜੋਂ ਸੰਗਤ ਦੇ ਵਿੱਚ ਵਿਚਰ ਸਕਣ। ਇਹ ਦਾੜਿਆਂ ਤੇ ਇਹ ਝੰਡੇ ਬੁੰਗਿਆਂ ਤੇ ਕਈ ਵਾਰ ਸਵਾਲ ਖੜੇ ਹੋ ਜਾਂਦੇ ਹੁੰਦੇ ਨੇ, ਅੱਜ ਉਹੀ ਕੇਸਰੀ ਨਿਸ਼ਾਨ ਤੇ ਉਹੀ ਦਾੜੇ ਖੁੱਲੇ ਇਹਨਾਂ ਨੂੰ ਮਿਲ ਰਹੇ ਨੇ। ਅੱਜ ਕੀ ਕਹਿਣਾ ਚਾਹੋਗੇ ਜਿਹੜੇ ਇਹ ਜਿਹੇ ਸਵਾਲ ਖੜੇ ਕਰਦੇ ਨੇ? ਦੇਖੋ, ਇਹ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ ਜਿਹੜੇ ਸਵਾਲ ਖੜਾ ਕਰਦੇ ਆ। ਕਿਤੇ ਨਾ ਕਿਤੇ ਉਹ ਸਿੱਖੀ ਦੇ ਵਿੱਚੋਂ ਵਿਸ਼ਵਾਸ ਲੋਕਾਂ ਦਾ ਹਟਾਉਣਾ ਚਾਹੁੰਦੇ ਆ, ਤੇ ਝੰਡੇ ਬੁੰਗੇ ਜਾਂ ਸਰੋਵਰ ਸਾਡੇ ਜਿਹੜੇ ਆ ਜਾਂ ਤੀਰਥ ਸਥਾਨ ਆ, ਗੁਰਦੁਆਰਾ ਸਾਹਿਬਾਨ ਆ, ਤੇ ਉਹਦੇ ਵਿੱਚ ਸੰਗਤ ਦੀ ਆਸਥਾ ਰਹੀ ਆ ਤੇ ਰਹੇਗੀ। ਤੇ ਉਹਦਾ ਇੱਕ ਪ੍ਰਤੱਖ ਪ੍ਰਮਾਣ ਇਹ ਆ ਕਿ ਸ਼ਹੀਦੀ ਸਭਾ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਆ। ਇਹ ਸੰਗਤ ਹਰ ਸਾਲ ਵੱਧ ਰਹੀ ਆ। ਤਾਂ ਇਹਦਾ ਮਤਲਬ ਜੋ ਉਹ ਮੁੱਠੀ ਭਰ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਦੇ ਵਿਰੁੱਧ ਪ੍ਰਚਾਰ ਕਰਦੇ ਆ, ਤੇ ਉਹ ਅਲੱਗ ਥਲੱਗ ਆ, ਤੇ ਉਹਨਾਂ ਦਾ ਪ੍ਰਚਾਰ ਦਾ ਸੰਗਤ 'ਤੇ ਅਸਰ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੀ ਆਸਥਾ ਜਿਹੜੀ ਗੁਰੂ ਸਾਹਿਬ 'ਤੇ ਅਟੁੱਟ ਹੈ। ਇਹ ਵੀ ਕਿਹਾ ਜਾਂਦਾ ਕਿ ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨੇ ਚਾਹੀਦੇ ਸੀ ਉਹ ਕਰ ਨਹੀਂ ਪਾਈ, ਪਰ ਅੱਜ ਅਸੀਂ ਇਸੇ ਕਰਕੇ ਤੁਹਾਡੇ ਕੋਲ ਆਏ ਹਾਂ ਕਿ ਅਦਾਰੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਦੇ ਵਿੱਚ। ਕਿੰਨਾ ਕੁ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਕੋਲ ਜਿਹੜੇ ਆਰਥਿਕ ਸਾਧਨ ਆ ਉਹ ਸੀਮਤ ਆ। ਸੰਗਤ ਦੀ ਜਿਹੜਾ ਚੜਾਵਾ ਆ ਉਹਦੇ ਨਾਲ ਹੀ ਉਹਨਾਂ ਕੋਲ ਜਿਹੜਾ ਪੈਸਾ ਆਉਂਦਾ ਆ। ਉਹਦੇ ਬਾਵਜੂਦ ਲੰਗਰ ਦਾ ਪ੍ਰਬੰਧ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਅਕਾਦਮਿਕ ਪ੍ਰਬੰਧ ਜਿਹੜਾ ਆ ਵਿੱਦਿਆ ਪ੍ਰਦਾਨ ਕਰ ਰਹੀ ਆ। ਕਾਫੀ ਬੱਚਿਆਂ ਨੂੰ ਮੁਫਤ ਵਿੱਦਿਆ ਦੀ ਸਹੂਲਤ ਦੇ ਰਹੀ ਆ। ਉਸ ਤੋਂ ਇਲਾਵਾ ਕੋਈ ਵੀ ਸਮਾਜਿਕ ਆਫਤ ਆ ਜਾਵੇ ਤਾਂ ਉਹਦੇ ਵਿੱਚ ਵੀ ਜਿਹੜੀ ਆ SGPC ਵੱਧ ਚੜ੍ਹ ਕੇ ਹਿੱਸਾ ਲੈਂਦੀ ਆ, ਤੇ ਹੋਰ ਸਿੱਖ ਕੌਮ ਦੇ ਸਾਰੇ ਮਸਲਿਆਂ ਵਾਸਤੇ ਜਿਹੜੀ ਆ ਉਹ
ਮੇਰੇ ਖਿਆਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਮੇਂ ਪਹਿਲ ਕਦਮੀ ਕੀਤੀ ਜਾਂਦੀ ਆ। ਸੋ ਕੁਝ ਲੋਕ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਜ਼ਿਸ਼ ਦੇ ਤਹਿਤ, ਤਾਂ ਉਹ ਨਹੀਂ ਹੋਣਾ ਚਾਹੀਦਾ। ਜੇ ਕੋਈ ਕਮੀਆਂ ਵੀ ਮਹਿਸੂਸ ਹੁੰਦੀਆਂ ਤਾਂ ਸਾਨੂੰ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇੰਨੀਆਂ ਕੁਰਬਾਨੀਆਂ ਤੋਂ ਬਾਅਦ ਜੋ ਸੰਸਥਾ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਨੂੰ ਸਾਰਿਆਂ ਨੂੰ ਉਹਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਕਿ ਪ੍ਰੋਫੈਸਰ ਸਾਹਿਬਾਨ ਸੀ, BC ਸਾਹਿਬਾਨ ਸੀ, ਪ੍ਰਿੰਸੀਪਲ ਸਾਹਿਬਾਨ ਸੀ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰੀ ਆ। ਇੱਥੋਂ ਦੇ ਸਟੂਡੈਂਟਾਂ ਦੇ ਨਾਲ ਵੀ ਗੱਲ ਕਰੀ ਆ। ਪਰ ਤੁਹਾਨੂੰ ਇੱਕ ਨਜ਼ਾਰਾ ਹੋਰ ਦਿਖਾ ਦਿੰਨੇ ਆ ਇਸ ਸ਼ਹੀਦੀ ਸਭਾ ਦੇ ਵਿੱਚ। ਉਹ ਕੀ ਆ ਕਿ ਪਿੱਛੇ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਕਿ ਪਾਰਟੀ ਦੇ ਬੰਦੇ ਪਹੁੰਚੇ ਨੇ, ਉਹਨਾਂ ਦੇ ਵੱਲੋਂ ਇਹ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਲੋਕ ਸਭਾ ਦੇ ਵਿੱਚ ਖੜੀਆਂ ਹੋਈਆਂ, ਜੋ ਤਸਵੀਰਾਂ ਦੀ ਗੱਲ ਲੋਕ ਸਭਾ ਦੇ ਵਿੱਚ ਗੱਲ ਕੀਤੀ ਗਈ। ਸਿੱਧੂ ਮੂਸੇਵਾਲਾ, ਸ਼ੁਭਦੀਪ ਸਿੰਘ ਦੀਪ ਸਿੱਧੂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਜੀਤ ਸਿੰਘ ਨਿੱਜਰ, ਤਾਂ ਉਹਨਾਂ ਦੀਆਂ ਤਸਵੀਰਾਂ ਨੂੰ ਲੈ ਕੇ ਅੱਜ ਇਸ ਸਭਾ ਦੇ ਵਿੱਚ ਇੱਕ ਹਿੱਸਾ ਬਣੇ ਨੇ। ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਸਾਂਝਾ ਹੋ ਰਿਹਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਪਹਿਲਾਂ ਹੀ ਕਿਹਾ ਸੀ ਕਿ ਹਰ ਪੱਖ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਹਰ ਪੱਖ ਤੋਂ ਤੁਹਾਨੂੰ ਦਿਖਾਵਾਂਗੇ ਕਿ ਇਸ ਸਭਾ ਦੇ ਵਿੱਚ ਕਿਹੜੀਆਂ ਜਿਹੜੀਆਂ ਕਿ ਸਾਹਮਣੇ ਆ ਰਿਹਾ ਹੈਗਾ ਜੋ ਕੁਝ ਵੀ ਆ। ਤਾਂ ਮਾਨ ਸਿੰਘ ਮਾਨ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦੀ ਸਭਾ ਦੇ ਵਿੱਚ ਇਹਨਾਂ ਬਾਈ ਦੀਪ ਸਿੱਧੂ ਮੂਸੇਵਾਲੇ ਹੋਰਾਂ ਦੀ ਤਸਵੀਰ ਜਿਹੜੀ ਕਿ ਲੋਕ ਸਭਾ ਦੇ ਵਿੱਚ ਬੋਲਣ ਤੋਂ ਮਾਨ ਸਾਹਿਬ ਨੂੰ ਰੋਕ ਦਿੱਤਾ ਗਿਆ ਸੀ, ਟੋਕ ਦਿੱਤਾ ਗਿਆ ਸੀ। ਅੱਜ ਫਿਰ ਇਸ ਸਭਾ ਦੇ ਵਿੱਚ ਇਹ ਤਸਵੀਰਾਂ ਲੈ ਕੇ ਖੜੇ ਹੋਏ ਆ ਜਿੱਥੇ ਸਾਹਿਬਜ਼ਾਦਾ ਜ਼ੋਰਾ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਹੋਈ ਹੈ। ਇੱਕ ਮੁਗਲ ਹਕੂਮਤ ਜਿਸ ਨੇ ਬਹੁਤ ਗਲਤ ਤਰੀਕੇ ਨਾਲ ਉਹਨਾਂ ਨੂੰ ਫੜ ਕੇ ਬੇਕਾਨੂੰਨ ਕਤਲ ਕੀਤਾ ਸੀਗਾ, ਉਹ ਹਾਲਾਤ ਸਿੱਖ ਕੌਮ ਦੀ ਇਸ ਹਕੂਮਤ 'ਚ ਫਿਰ ਆ ਰਹੀ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੇਕਸੂਰ ਸਿੱਖਾਂ ਨੂੰ ਕਤਲੇਆਮ 1984 ਦਾ ਕਰਦੇ ਆਏ ਆ, ਪੰਜਾਬ 'ਚ ਪੁਲਿਸ ਨੇ ਕੀਤਾ ਔਰ ਇਸ ਤੋਂ ਇਲਾਵਾ ਬਾਹਰਲੇ ਦੇਸ਼ਾਂ 'ਚ ਹੁਣ ਇਹ ਕਤਲ ਕਰਨ ਲੱਗ ਪਏ ਆ। ਸੋ ਅਸੀਂ ਆਪਣੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨੰਦੇ ਨਜ਼ਰ ਰੱਖ ਕੇ ਅਸੀਂ ਅੱਜ ਇਹਨਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਭਾਰਤ ਦੀ ਹਕੂਮਤ ਨੇ ਉਸੇ ਤਰ੍ਹਾਂ ਕੋ ਕੇ ਮਾਰਿਆ ਜਿਸ ਤਰ੍ਹਾਂ ਮੁਗਲ ਹਕੂਮਤ ਨੇ ਕੀਤਾ ਸੀ। ਲੱਗਦਾ ਵੀ ਅੱਜ ਇਹ ਜਾਇਜ਼ ਸੀ ਇਸ ਜਗ੍ਹਾ ਤੇ ਇਹਨਾਂ ਦੀਆਂ ਤਸਵੀਰਾਂ ਲਾਉਣੀਆਂ ਅੱਜ ਜਾਇਜ਼ ਮੰਨੀਆਂ ਗਈਆਂ ਨੇ, ਕਿਉਂਕਿ ਕਈ ਵਿਰੋਧੀ ਪਾਰਟੀਆਂ ਇਹ ਵੀ ਸਵਾਲ ਖੜੇ ਕਰਨੇ ਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਥਾਂ ਤੇ ਇਹਨਾਂ ਦੀਆਂ ਤਸਵੀਰਾਂ ਕਿਉਂ ਲਗਾਈਆਂ ਗਈਆਂ। ਵੈਸੇ ਤਾਂ ਅਸੀਂ ਤਾਂ ਬਾਣੀ ਦੇ ਉਪਾਸ਼ਕ ਹਾਂ, ਤੁਰਕੀ ਬਾਣੀ ਆਈ ਉਹਦੇ ਸੋਚ ਅਧੀਨ ਫੋਟੋਆਂ ਤਾਂ ਵੈਸੇ ਹੀ ਬੈਨ ਹੈ, ਪਰ ਅਸੀਂ ਦੇਖਦੇ ਹਾਂ SGPC ਦੇ ਵਿੱਚ ਇਹਨਾਂ ਨੇ ਵੱਖ-ਵੱਖ ਪਤਾ ਨਹੀਂ ਕਿਹਦੀ ਸ਼ਕਲ ਪਾ ਕੇ ਗੁਰੂ ਸਾਹਿਬਾਨ, ਕਿਹਦੀ ਸ਼ਕਲ ਪਾ ਕੇ ਸਾਹਿਬਜ਼ਾਦਿਆਂ ਦੀ ਇਹਨਾਂ ਨੇ ਫੋਟੋ ਲਾਈ ਹੋਈ ਹੈ। ਅਸੀਂ ਸਮਝਦੇ ਹਾਂ ਕਿ ਜਿਹੜੀਆਂ ਫੋਟੋਆਂ ਹੈ ਇਹ SGPC ਨੇ ਜਿਹੜੀ ਪ੍ਰਮੋਸ਼ਨ ਕੀਤੀ ਹੈ ਇਹਦੀ, ਇਹ ਸਿੱਖੀ ਦੇ ਬਰਖਲਾਫ ਹੈ। ਪਰ ਇਹ ਇਨਸਾਨ ਅਸਲ 'ਚ ਇੱਥੇ ਜਿਉਂਦੇ ਸੀਗੇ ਜਿਨ੍ਹਾਂ ਨੂੰ ਭਾਰਤ ਨੇ ਮਾਰਿਆ। ਅਸੀਂ ਇਸ ਕਰਕੇ ਉਸ ਨੂੰ ਸ਼ਹਾਦਤ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੰਦੇ ਨਜ਼ਰ ਰੱਖਦੇ ਹੋਏ ਅੱਜ ਜੋ ਹਕੂਮਤਾਂ ਜ਼ੁਲਮ ਕਰ ਰਹੀਆਂ ਉਹਨਾਂ ਨੂੰ ਯਾਦ ਕਰਕੇ ਅਸੀਂ ਇਹਨਾਂ ਦੀਆਂ ਫੋਟੋ ਨਾਲ ਤੁਰ ਰਹੇ ਹਾਂ। ਇਹ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ, ਜਾਇਜ਼ ਮੰਨਦੇ ਹੋ ਖਾਲਿਸਤਾਨ ਜਿੰਦਾਬਾਦ ਕਹਿਣਾ? ਇਹ ਧਰਤੀ ਉਹ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਖਾਲਸਾ ਰਾਜ ਸਥਾਪਿਤ ਕੀਤਾ ਸੀ, ਜਿੱਥੇ ਜ਼ਿਮੀਂਦਾਰਾਂ ਨੂੰ ਆਪਣੇ ਜ਼ਮੀਨ ਵਾਹੁਣ ਦਾ ਹੱਕ ਦਿੱਤਾ ਸੀਗਾ ਔਰ ਨਾਨਕਸ਼ਾਹੀ ਸਿੱਕਾ ਉਰੇ ਛਾਪਿਆ ਗਿਆ ਸੀਗਾ। ਅੱਜ ਇਹ ਹਕੂਮਤ ਸਾਡੇ ਉੱਤੇ ਕੇਜਰੀਵਾਲ ਕਹਿੰਦਾ ਹੈ ਕਿ ਅਸੀਂ ਸਤਿਕਾਰਯੋਗ ਹਿੰਦੂ ਧਰਮ ਦੀ ਲక్ష్ਮੀ ਮਾਤਾ ਜੀ ਦੀ ਫੋਟੋ ਨੋਟਾਂ ਤੇ ਲਾਉਣਾ ਹੈ, ਤੇ ਇਹ ਜਿਹੜੀ ਬੁੱਤ ਪੂਜਾ ਤੇ ਇਹ ਜਿਹੜੀ ਸੋਚ ਹੈ ਇਹ ਸਿੰਘ ਸਭਾ ਨੇ ਸਾਡੇ ਗੁਰੂ ਘਰਾਂ ਚੋਂ ਕੱਢੀ ਸੀ। ਸੋ ਅਸੀਂ ਸਮਝਦੇ ਹਾਂ ਕਿ ਇੱਥੇ ਖਾਲਿਸਤਾਨ ਦੀ ਮੰਗ ਜ਼ਰੂਰੀ ਹੈ, ਕਿਉਂਕਿ ਸਾਡੇ ਉੱਤੇ ਹਿੰਦੂ ਰਾਸ਼ਟਰ ਲਾਗੂ ਕੀਤਾ ਜਾ ਰਿਹਾ ਹੈਗਾ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੁਰੂ ਸਾਹਿਬ ਦਾ ਵਚਨ ਸੀ ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਉਹਦਾ ਪ੍ਰਗਟਾਵਾ ਹੋਏ ਤੇ ਖਾਲਸਾ ਰਾਜ ਹੋਵੇ। ਖਾਲਸਾ ਰਾਜ ਦੀ ਗੱਲ ਕਰੀ ਹੈ, ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਸੀ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਸੀ, ਪਰ ਉਹਨਾਂ ਨੇ ਤਾਂ ਕਦੇ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਕਰੀ। ਜੇਕਰ ਇਤਿਹਾਸ ਨੂੰ ਫਰੋਲਦੇ ਆਂ, ਬਾਚਦੇ ਆਂ, ਸਾਡੀ ਸਮਝ 'ਚ ਉਹ ਖਾਲਸਾ ਰਾਜ ਖਾਲਸਤਾਨ ਹੀ ਸੀਗਾ। ਤੁਸੀਂ ਕਿਸੇ ਹੋਰ ਨਾਮ ਜਾਣਦੇ ਹੋਵੋਗੇ ਤੁਸੀਂ ਉਹਦੇ ਨਾਲ ਲੈ ਲਓ, ਪਰ ਸਾਨੂੰ ਤਾਂ ਜਿਹੜੀ ਸੋਚ ਖਾਲਸਾਈ ਹੈ ਉਸ ਅਧੀਨ ਜਿਹੜੇ ਰਾਜ ਹੋਏ ਆ ਉਹ ਸਾਨੂੰ ਖਾਲਿਸਤਾਨ ਦੇ ਰੂਪ 'ਚ ਨਜ਼ਰ ਆਉਂਦੇ ਆ। ਤਾਂ
ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਦੇ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਬਾਹਰਲੇ ਮੁਲਕਾਂ ਵਿੱਚ ਇੰਡੀਆ ਵਿੱਚ ਕਤਲ ਕੀਤੇ ਗਏ ਸਿਰਕੱਢ ਸਿੱਖ ਤਾਂ ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆ। ਤਾਂ ਅਸੀਂ ਤੁਹਾਡੇ ਨਾਲ ਜਿਹੜੀ ਕਿ ਇੱਕ ਤਸਵੀਰ ਹੋਰ ਪਿੱਛੇ ਚੱਲ ਕੇ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡਾ ਇਹ ਬਣਦਾ ਕਿ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰੀਏ, ਕਿਉਂਕਿ ਇੱਥੇ ਲੰਗਰਾਂ ਦੀਆਂ ਤਸਵੀਰਾਂ ਬੜੀਆਂ ਦਿਖਾ ਦਿੱਤੀਆਂ ਜਾਂਦੀਆਂ, ਇੱਥੇ ਹੋਰ ਕੁਝ ਬੜਾ ਦਿਖਾ ਦਿੱਤਾ ਜਾਂਦਾ, ਪਰ ਜਿਹੜੀਆਂ ਇਹ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਜ਼ਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਸ ਧਰਤੀ ਤੇ ਜਿਹੜਾ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜ ਰਹੇ ਨੇ, ਪਰ ਜਦੋਂ ਸਵਾਲ ਕਰੀਦੇ ਨੇ ਪਤਾ ਨਹੀਂ ਕਿਉਂ ਅਜਿਹਾ ਕੁਝ ਹੋ ਜਾਂਦਾ। ਪਰ ਚਲੋ ਅਸੀਂ ਤੁਹਾਨੂੰ ਤਸਵੀਰ ਜਿਹੜੀ ਕਿ ਅੱਗੇ ਚੱਲ ਕੇ ਦਿਖਾਉਣੇ ਆ। ਇਹ ਨਿਹੰਗ ਸਿੰਘਾਂ ਦੇ ਜ਼ੋਰ ਨੇ, ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਦੁਨੀਆ ਹੁੰਦੀ ਆ, ਹਰ ਇੱਕ ਤਰ੍ਹਾਂ ਦੇ ਜਿਹੜੇ ਕਿ ਲੋਕ ਹੁੰਦੇ ਨੇ ਇਹਨਾਂ ਅੱਖਾਂ ਦੇ ਵਿੱਚ, ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਦਿਖਾ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ ਜੀ। ਕੁਝ ਬੋਲਣਾ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਤੁਹਾਡਾ ਚੈਨਲ ਆ, ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਭਗਵੰਤ ਮਾਨ ਵੀ ਜਿਹੜਾ ਚਿੱਟਾ ਵਿਕਦਾ ਨਾ, ਚਿੱਟਾ ਵਿਕਦਾ ਉਹ ਚਿੱਟਾ ਬੰਦ ਕਰ ਦੇ, ਨਹੀਂ ਤੇਰੀ ਨਾਥਾਂ ਧੂਆਂ ਕਰ ਦਿਆਂਗੇ। ਚਿੱਟਾ ਬੰਦ ਕਰਾਉਣਾ ਤੁਸੀਂ ਸਰਕਾਰ ਜੀ, ਇਹਨਾਂ ਸਿੰਘ ਸਾਹਿਬ ਦੀ ਅਪੀਲ ਆ ਕਿ ਚਿੱਟਾ ਬੰਦ ਹੋ ਜਾਏ। ਇਹ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਜ਼ੋਰ ਨੇ। ਇਹ ਜੋ ਜ਼ੋਰ ਦਿਖਾਏ ਜਾਂਦੇ ਨੇ ਗੱਤਕੇ ਦੇ, ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਸ ਸ਼ਾਸਤਰਾਂ ਦੇ ਉੱਤਰ ਕਾਫੀ ਸਵਾਲ ਖੜੇ ਹੁੰਦੇ ਨੇ, ਕਾਫੀ ਕੁਝ ਜਿਹੜਾ ਕਿ ਬੋਲਿਆ ਜਾਂਦਾ ਸ਼ਾਸਤਰਾਂ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਫਤਿਹ ਸਿੰਘ ਜੀ ਦਾ ਪੰਥ ਚਲਾਇਆ ਹੋਇਆ ਜੀ, ਬਾਬਾ ਬੁੱਢਾ ਦਲ। ਬਾਕੀ ਸਾਡੇ ਜਥੇਦਾਰ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸ਼ਾਸਤਰ ਵਿਦਿਆ ਇਹ ਬਾਬਾ ਬੁੱਢਾ ਜੀ ਦੀ ਦੇਣ ਆ ਜੀ। ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਨੇ ਬਚਨ ਕੀਤੇ ਸੀਗੇ ਵੀ ਮਹਾਰਾਜ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜੀ ਕਹਿੰਦੇ ਸਨ ਵੀ ਮਹਾਰਾਜ ਕਹਿੰਦੇ ਸ਼ਾਸਤਰ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਿਹੜਾ ਇਹ ਰਾਜ ਆ ਇਹ ਸ਼ਾਸਤਰਾਂ ਦੇ ਅਧੀਨ ਆ, ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੂੰ ਵਰਦਾਨ ਬਾਬਾ ਬੁੱਢਾ ਜੀ ਨੇ ਜਿਸ ਸਮੇਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ, ਉਸ ਸਮੇਂ ਬਾਬਾ ਬੁੱਢਾ ਜੀ ਨੂੰ ਦੇਖ ਕੇ ਛੇਵੇਂ ਪਾਤਸ਼ਾਹ ਖੁਸ਼ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਬੁੱਢਿਆ ਇਹ ਕਿੰਨੀ ਫੌਜ ਲੈ ਕੇ ਆਇਆ? ਵੀ ਜ਼ਿਆਦਾ ਸੀ, ਗਵਾਲੀਅਰ ਦੇ ਕਿਲੇ 'ਚ ਆਏ ਸੀ, ਉਸ ਸਮੇਂ 18,000 ਤੇਰੇ ਕੋਲ ਫੌਜ ਛੱਡ ਕੇ ਆਏ ਸੀ, ਅੱਜ ਤੂੰ 32,000 ਫੌਜਾਂ ਦਾ ਇਕੱਠ ਲੈ ਕੇ ਆਇਆ। ਉਹਨਾਂ ਤੋਂ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਚਨ ਕੀਤੇ ਸੀ ਵੀ
ਧੰਨ ਧੰਨ ਬਾਬਾ ਬੁੱਢਾ ਜੀ ਆਪ ਜੀ ਦੇ ਨਾਂ ਤੇ ਦਲ ਪੰਥ ਚੱਲੇਗਾ, ਜਿਸ ਦਾ ਨਾਂ ਬੁੱਢਾ ਦਲ ਹੋਵੇਗਾ। ਜਾਵੇ ਬਾਬਾ ਬੁੱਢਾ ਜੀ ਦੇ ਮਨ ਨੂੰ ਪਾਵੇ। ਸਤਿ ਸ੍ਰੀ ਅਕਾਲ। ਇਹ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਸ਼ਾਸਤਰ ਵਿੱਦਿਆ ਘੋੜ ਸਵਾਰੀ ਦੀ ਦਾਤ ਬਖਸ਼ੀ। ਅੱਜ ਉਹੀ ਮਰਿਆਦਾ ਨਿਹੰਗ ਸਿੰਘ ਸਾਂਭੀ ਬੈਠੇ ਨੇ, ਜੋ ਕਿ ਹਰ ਸਾਲ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਰਦੇ ਹੋਏ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਅਖਾੜਾ ਗੁਰੂ ਦੀਆਂ ਲਾਡਲੀਆਂ ਫੌਜਾਂ ਇੱਥੇ ਹਾਜ਼ਰੀ ਭਰਨ ਆਉਂਦੀਆਂ ਨੇ, ਜਿਨ੍ਹਾਂ ਦਾ ਮਿਸ਼ਨ ਹੈ ਸ਼ਾਸਤਰ ਵਿੱਦਿਆ ਤੇ ਘੋੜ ਸਵਾਰੀ, ਗੁਰਬਾਣੀ ਸੰਥਿਆ ਤੇ ਬਾਣੀ ਬਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਗੱਜ ਗੱਜ ਕਰੇ ਜਾਵੇ ਨਾਲ ਹੋ ਜਾਵੇ ਪੁੱਤਰਾਂ ਦਾ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਵੇ। ਸਤਿ ਸ੍ਰੀ ਅਕਾਲ। ਅਸੀਂ ਤੁਹਾਨੂੰ ਇਹ ਜੌਹਰ ਅੱਜ ਗੱਤਕੇ ਦੇ ਜਿਹੜੇ ਇੱਥੇ ਨਿਹੰਗ ਸਿੰਘਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ, ਉਹ ਅਸੀਂ ਤੁਹਾਨੂੰ ਦਿਖਾਵਾਂਗੇ, ਤੁਹਾਡੇ ਤੱਕ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰਾਂਗੇ। ਇਹ ਤਸਵੀਰਾਂ ਤਾਂ ਤੁਸੀਂ ਦੇਖੋਗੇ ਕਿ ਇਹ ਤਸਵੀਰਾਂ ਦੇ ਜ਼ਰੀਏ ਖੁੰਡੀਆਂ ਹੋਈਆਂ ਕਿਰਪਾਨਾਂ ਕਿਵੇਂ ਉਦੋਂ ਜ਼ਾਲਮ ਦੀਆਂ ਗਰਦਨਾਂ ਤੇ ਬਰੀਆਂ ਤੇ ਕਿਵੇਂ ਉਦੋਂ ਜ਼ਾਲਮ ਨੂੰ ਜਿਹੜਾ ਕਿ ਕਨੇ ਚਵਾਏ ਖੁੰਡੀਆਂ ਹੋਈਆਂ ਕਿਰਪਾਨਾਂ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਜਿਹੜੀਆਂ ਕਿ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। CBSE ਬੋਰਡ ਦੇ ਜਿਹੜੇ ਸਟੂਡੈਂਟ ਨੇ, ਅਕੈਡਮੀ ਆ, ਇਸੇ ਅਕੈਡਮੀ ਦੀ ਨੇ ਇਹ ਅਕੈਡਮੀ ਹੈ ਜੀ ਬਹਾਦਰਗੜ੍ਹ ਜੀ। ਜੀ ਹਾਂਜੀ। ਇਹ ਛੋਟੇ ਛੋਟੇ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਐਲਕੇਜੀ। ਅੰਗਰੇਜ਼ੀ ਪੜ੍ਹਦੇ ਹੋ? ਕਿੰਨੀ ਉਮਰ ਆ? ਕਿੰਨੇ ਈਅਰ ਦੇ ਹੋ? 4 ਸਾਲ ਦਾ। 4 ਸਾਲ ਦੇ। ਤਾਂ ਇਹ ਛੋਟੇ ਛੋਟੇ ਬੱਚੇ ਨੇ, ਤੁਹਾਡੇ ਨਾਲ ਆਏ ਨੇ ਜੀ ਇਹ? ਹਾਂਜੀ ਹਾਂਜੀ। ਇਹਨਾਂ ਨੂੰ ਜਦੋਂ ਤੁਸੀਂ ਸਜਾਇਆ ਇਸ ਤਰ੍ਹਾਂ ਦਮਾਲੇ ਸਜਾਏ ਗਏ, ਜੋੜਿਆ ਸਾਹਿਬ ਪਾਏ ਗਏ, ਤਾਂ ਅੱਜ ਦੀਆਂ ਇਹ ਤਸਵੀਰਾਂ ਬਹੁਤ ਜਿਹੜੀਆਂ ਕਿ ਖਿੱਚ ਦਾ ਕੇਂਦਰ ਬਣੀਆਂ ਨੇ ਸੰਗਤਾਂ ਦੀਆਂ। ਦਿਲ ਦੇ ਵਿੱਚ ਕੀ ਆ ਰਿਹਾ ਸੀ ਉਦੋਂ? ਅੱਖਾਂ ਦੇ ਮੂਹਰੇ ਕੀ ਆ ਰਿਹਾ ਸੀ? ਹਾਂਜੀ, ਉਦੋਂ ਅੱਖਾਂ ਦੇ ਮੂਹਰੇ ਕੀ ਭਾਵਨਾਵਾਂ ਆ ਰਹੀਆਂ ਸੀ ਜਦੋਂ ਦਮਾਲੇ ਸਜਾ ਰਹੇ ਸੀ? ਜੋੜਾ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਆ। ਬਿਲਕੁਲ। ਤਾਂ ਇਹ ਤਸਵੀਰਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਪੁੱਤ? 5th 5th 'ਚ? ਹੈ 1st 7th 1st 4th 1st। ਅੱਛਾ, ਫਸਟ 'ਚ ਹੋ। ਕਿੰਨੀ ਉਮਰ ਆ? 8। ਅੱਛਾ, ਇਹ ਤੁਹਾਡੇ ਨਾਲ ਆਏ ਨੇ ਜੀ? ਜਦੋਂ ਇਹਨਾਂ ਨੂੰ ਸਜਾਇਆ, ਇਹਨਾਂ ਦੇ ਦਮਾਲੇ ਸਜਾਏ, ਚੋਲਾ ਸਾਹਿਬ ਪਾਏ ਗਏ, ਤਾਂ ਇੱਧਰ ਨੂੰ ਰਵਾਨਾ ਹੋਣਾ ਸੀ, ਤਾਂ ਮਨ ਦੇ ਵਿੱਚ ਭਾਵਨਾਵਾਂ ਕੀ ਉੱਠ ਰਹੀਆਂ ਸੀਗੀਆਂ? ਤੁਸੀਂ ਪ੍ਰਿੰਸੀਪਲ ਮੈਮ ਨਾਲ ਗੱਲ ਕਰ ਲਓ ਜੀ। ਪ੍ਰਿੰਸੀਪਲ ਮੈਂ ਹੈਗੇ ਹੋ। ਅੱਛਾ, ਬੱਚਿਆਂ ਦੇ ਮੰਮੀ ਨਾਲ ਗੱਲ ਕਰੀਏ? ਇਹਨਾਂ ਨਾਲ ਜੀ। ਜਦੋਂ ਇਹਨਾਂ ਨੂੰ ਤੁਸੀਂ ਇੱਧਰ ਸਜਾ ਕੇ ਲਿਆ ਰਹੇ ਸੀ, ਇਹਨਾਂ ਛੋਟੇ ਬੱਚਿਆਂ ਨੂੰ, ਫਰਜ਼ੰਦਾਂ ਦੀ ਯਾਦ ਆ ਰਹੀ ਹੋਣੀ ਆ, ਸਾਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਜਿਹੜਾ ਕਿ ਉਹ ਮਨਾਇਆ ਜਾ ਰਿਹਾ, ਉਦੋਂ ਦਿਲ ਦੇ ਵਿੱਚ, ਮਨ ਦੇ ਵਿੱਚ ਕੀ ਆ ਰਿਹਾ ਸੀ ਜਾਂ ਅੱਖਾਂ ਦੇ ਸਾਹਮਣੇ ਕੀ ਆ ਰਿਹਾ ਸੀ? ਉਦੋਂ ਉਹੀ ਟਾਈਮ ਯਾਦ ਆਉਂਦਾ ਕਿ ਹਾਂ ਵੀ ਸਾਡੇ ਆਪਣੇ ਛੋਟੇ ਛੋਟੇ ਬੱਚੇ ਨੇ। ਮੇਰੀ ਗੁੜੀਆ 8 ਸਾਲ ਦੀ,
ਮੈਂ ਉਸ ਟਾਈਮ ਵੀ ਜਦੋਂ ਇਹਨੂੰ ਤਿਆਰ ਕਰਦੀ ਤਾਂ ਮੈਂ ਇਹੀ ਸੋਚਦੀ ਹਾਂ ਕਿ ਉਹ ਮਾਤਾ ਗੁਜਰੀ ਨੇ ਕਿਵੇਂ ਤਿਆਰ ਕੀਤੇ ਹੋਣਗੇ, ਉਹ ਰਾਤ ਕਿਵੇਂ ਗੁਜ਼ਾਰੀ ਹੋਏਗੀ, ਕਿਉਂਕਿ ਇੰਨੀ ਠੰਡ 'ਚ ਵੀ ਜਦੋਂ ਮੈਂ ਇਹਨੂੰ ਲੈ ਕੇ ਆਉਂਦੀ ਹਾਂ ਤਾਂ ਵੀ ਮੇਰੇ ਮਨ ਜਾਂਦਾ ਕਿ ਹਾਏ ਇੰਨੀ ਠੰਡ ਹੈ। ਤੇ ਫਿਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਜੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਜੋੜਦੇ ਰਹਾਂਗੇ, ਠੀਕ ਹੈ ਨਾ ਜੀ, ਤਾਂ ਹੀ ਅਸੀਂ ਉਹਨਾਂ ਦੇ ਸਦਕਾ ਅੱਜ ਅਸੀਂ ਜਾਣੇ ਪਛਾਣੇ ਜਾਂਦੇ ਹਾਂ ਤੇ ਇਹਦਾ ਅਸੀਂ ਸਿਜਦਾ ਕਰਨ ਆਉਂਦੇ ਹਾਂ। ਇਸੇ ਕਰਕੇ ਅਸੀਂ ਇਹਨਾਂ ਨੂੰ ਤਿਆਰ ਕਰਦੇ ਹਾਂ ਉਨੇ ਹੀ ਚਾਵਾਂ ਤੇ ਉਨੇ ਹੀ ਪਿਆਰ ਨਾਲ। ਪੂਰਾ ਸਾਲ ਅਸੀਂ ਇਸ ਦਿਨ ਦਾ ਇੰਤਜ਼ਾਰ ਕਰਦੇ ਹਾਂ। ਸਾਰੇ ਸਕੂਲਾਂ 'ਚ ਛੁੱਟੀਆਂ ਹੁੰਦੀਆਂ, ਸਾਡੇ ਸਕੂਲ 'ਚ ਇਸ ਰਾਤ ਅਸੀਂ ਸਾਰੇ ਬੱਚਿਆਂ ਨੂੰ ਨਾਈਟ ਸਟੇ ਕਰਾਉਂਦੇ ਹਾਂ ਤੇ ਸਵੇਰੇ ਇੱਥੇ ਲਿਆ ਕੇ ਸਿਜਦਾ ਕਰਕੇ ਫਿਰ ਛੁੱਟੀਆਂ ਕਰਾਂਗੇ। ਹੁਣ ਅਸੀਂ ਤਾਂ ਇਹ ਤਸਵੀਰਾਂ ਦੇਖ ਕੇ ਥੋੜਾ ਜਿਹਾ ਮਨ ਜਿਹੜਾ ਉਹ ਭਾਵੁਕ ਹੋਇਆ। ਤਾਂ ਅਸੀਂ ਤੁਹਾਡੇ ਨਾਲ ਕਾਫੀ ਕੁਛ ਜਿਹੜਾ ਕਿ ਸਾਂਝਾ ਕਰ ਰਹੇ ਹਾਂ। ਸੂਰਮਾ ਤੁਸੀਂ ਦੇਖ ਸਕਦੇ ਹੋ ਤਾਂ ਪੁਰਜਾ ਪੁਰਜਾ ਕੱਟ ਮਾਰੈ ਕਬੂ ਨਾ ਛਾੜੈ ਖੇਤ। ਇਹ ਵੀ ਗੁਰਬਾਣੀ ਦੀਆਂ ਤੁਕਾਂ ਨੇ। ਤਾਂ ਅਸੀਂ ਤੁਹਾਡੇ ਨਾਲ ਅੱਜ ਇਹ ਤਸਵੀਰ ਪੂਰੇ ਜਾਹੋ ਜਲਾਲ ਦੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਅੱਜ ਦੇ ਦਿਨ ਇੱਥੇ ਅਰਦਾਸਾਂ ਹੋ ਰਹੀਆਂ ਨੇ, ਭੋਗ ਨੇ ਜਿਹੜੇ ਉਹ ਪਾਏ ਜਾ ਰਹੇ ਨੇ। ਤਾਂ ਪੂਰੇ ਪੰਜਾਬ ਕੀ ਪੂਰੀ ਦੁਨੀਆ ਚੋਂ ਇਸ ਜਗ੍ਹਾ ਤੇ ਸੰਗਤ ਪਹੁੰਚੀ ਆ। ਇਸ ਜਗ੍ਹਾ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਛੋਟੇ ਫਰਜ਼ੰਦਾਂ ਨੇ ਸਿੱਖੀ ਦੀਆਂ ਨੀਹਾਂ ਪੱਕੀਆਂ ਕਰਤੀਆਂ ਸੀ। ਜਦੋਂ ਕੰਧ ਗੋਡਿਆਂ ਤੱਕ ਪਹੁੰਚਦੀ ਆ ਤਾਂ ਜ਼ਾਲਮ ਹਕੂਮਤ ਦੇ ਵੱਲੋਂ ਕਿਹਾ ਜਾਂਦਾ ਕਿ ਇੱਟ ਨਹੀਂ ਉੱਥੋਂ ਕੱਢਣੀ, ਉੱਥੋਂ ਕੋਈ ਮੋਗਾ ਨਹੀਂ ਰੱਖਣਾ, ਉੱਥੋਂ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਚੱਪਣੀਆਂ ਨੇ ਉਹਨਾਂ ਨੂੰ ਲਾਹ ਦਿੱਤਾ ਜਾਂਦਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਇਸੇ ਕਰਕੇ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਅਸੀਂ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਨਗਾਰੇ ਵੱਜਦੇ ਦਿਖਾ ਦੇ ਇੱਕ ਵਾਰ। ਇਹ ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਨਗਾਰੇ। ਇਹ ਜੁਗਾਂ ਜੁਗਾਂ ਤੱਕ ਗੂੰਜਦੇ ਰਹਿਣੇ ਆ। ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਅੱਜ ਮੰਤਮੀ ਬਿਗਲ ਵਜਾਉਣ ਵਾਲੇ ਨਗਾਰਿਆਂ ਨੂੰ ਜ਼ਰੂਰ ਸੁਣ ਲੈਣ। ਜੇਕਰ ਆਵਾਜ਼ ਨਹੀਂ ਸੁਣਦੀ ਤਾਂ ਅਸੀਂ ਸੁਣਾਉਣ ਦੀ ਕੋਸ਼ਿਸ਼ ਕਰ ਦਿੰਦੇ ਹਾਂ।
ਆਵਾਜ਼ ਆ। ਜਿਹੜੇ ਕਹਿੰਦੇ ਸੀ ਕਿ ਮੰਤਵੀ ਬਿਗਲ ਵੱਜਣੇ ਆ, ਮੰਤਵੀ ਬਿਗਲ ਵਜਾਏ ਜਾਣਗੇ, ਅੱਜ ਅਸੀਂ ਉਹ ਨਗਾਰਿਆਂ ਦੀ ਆਵਾਜ਼ ਜਿਹੜੀ ਕਿ ਸੁਣਾ ਦਿੱਤੀ ਆ। ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸਮਝ ਆ ਜਾਵੇ ਕਿ ਗਾਂ ਨੂੰ ਅਜਿਹੇ ਬਿਆਨ ਨਾ ਦਿੱਤੇ ਜਾਣ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਕੁਝ ਜਿਹੜਾ ਕਿ ਜ਼ਾਹਰ ਹੋਣ ਵਾਲਾ, ਉਜਾਗਰ ਹੋਣ ਵਾਲਾ, ਜੋ ਅਸੀਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਮਿੰਟ ਆ ਜਾਣਾ। ਵੀ ਕੀਤੇ ਗਏ, ਕਿਹਾ ਵੀ ਗਿਆ ਕਿ ਮੰਤਵੀ ਬਿਗਲ ਵਜਾਏ ਜਾਣੇ ਨੇ। ਅੱਜ ਇਸ ਜਗ੍ਹਾ ਤੇ ਜੋ ਜਾਹੋ ਜਲਾਲ ਸੰਗਤ ਦਾ ਦੇਖਣ ਨੂੰ ਮਿਲ ਰਿਹਾ, ਉਸ ਨੂੰ ਕੀ ਮਹਿਸੂਸ ਕੀ ਕਰ ਰਹੇ ਹੋ, ਜੋ ਚੜ੍ਹਦੀ ਕਲਾ ਦਾ ਅੱਜ ਇੱਕ ਪ੍ਰਤੀਕ ਆ? ਦੇਖੋ, ਜਿਹੜਾ ਮਾਤਮ ਹੈ ਉਹ ਮੌਤ ਦਾ ਹੁੰਦਾ, ਸ਼ਹਾਦਤ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਸ਼ਰਧਾ ਸਤਿਕਾਰ ਦੇਣਾ ਛੋਟੇ ਸਾਹਿਬਜ਼ਾਦਿਆਂ ਨੂੰ ਹੋਰ ਗੱਲ ਹੈ, ਲੇਕਿਨ ਜਿਹੜਾ ਖਾਲਸਾ ਹੈ ਸ਼ਹਾਦਤ ਤੇ ਚੜ੍ਹਦੀ ਕਲਾ 'ਚ ਹੁੰਦਾ, ਮਾਤਮ ਨਹੀਂ ਹੁੰਦਾ। ਜਿਹੜੇ ਛੋਟੇ ਸਾਹਿਬਜ਼ਾਦੇ ਹੈ, ਜਿੱਥੇ ਮੁਗਲ ਹਕੂਮਤ ਨੇ ਜਿਹੜੇ ਕਹਿਰ ਤੇ ਜ਼ੁਲਮ ਦੇ ਹੱਦਾਂ ਬੰਨੇ ਟੱਪਤੇ, ਉੱਥੇ ਛੋਟੇ ਸਾਹਿਬਜ਼ਾਦਿਆਂ ਨੇ ਨਿਰਭੈਤਾ ਤੇ ਸੂਰਬੀਰਤਾ ਉਹਦੀ ਚੋਟੀ ਤੇ ਪਹੁੰਚ ਗਏ, ਉਹਦੇ ਸਿਖਰ ਤੇ ਪਹੁੰਚ ਗਏ। ਇਸ ਕਰਕੇ ਇਹ ਜਿਹੜਾ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅਸੀਂ ਜਿਹੜਾ ਹੈ ਦੇਖੋ, ਜਿਹੜੇ ਹੈ ਸ਼ਹਾਦਤਾਂ ਨੂੰ ਜਿਹੜਾ ਪ੍ਰਣਾਮ ਕੀਤਾ ਜਾਂਦਾ ਹੈ, ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ, ਉਹ ਜਕਾਰਿਆਂ ਤੇ ਨਗਾਰਿਆਂ ਦੀ ਗੂੰਜ ਨਾਲ ਕੀਤਾ ਜਾਂਦਾ ਹੈ। ਚਲੋ ਅੱਛੀ ਗੱਲ ਹੈ ਕਿ ਉਹਨਾਂ ਨੇ ਇਹ ਵਾਪਸ ਲੈ ਲਿਆ, ਪਰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸਿੱਖ ਇਤਿਹਾਸ ਕੀ ਹੈ, ਸਿੱਖ ਪਰੰਪਰਾਵਾਂ ਕੀ ਨੇ। ਤੇ ਜਿਹੜਾ ਹੈ ਸ਼ਹਾਦਤ ਇੱਕ ਬਹੁਤ ਉਚਾਈ ਤੇ ਮੰਨੀ ਗਈ ਹੈ ਸਿੱਖ ਧਰਮ ਦੇ ਵਿੱਚ, ਸਾਰੀ ਮਨੁੱਖਤਾ ਦੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਸੀ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮਿਲੇ ਸੀ। ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਤੁਹਾਡੇ ਨਾਲ ਪਹਿਲਾਂ ਹੀ ਕਿਹਾ ਸੀ ਕਿ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਹੂਬਹੂ ਉਹ ਤਸਵੀਰ ਸਾਹਮਣੇ ਆ ਰਹੀ ਆ ਕਿ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਮਾਈਆਂ ਭੈਣਾਂ ਲੜਦੀਆਂ ਹੁੰਦੀਆਂ ਸੀ, ਤਾਂ ਇਹ ਬਹੁਤ ਜ਼ਰੂਰੀ ਆ ਹਰ ਇੱਕ ਦੇ ਲਈ। ਗੱਤਕਾ ਜਿਹੜਾ ਸਿੱਖਣਾ ਬਹੁਤ ਜ਼ਰੂਰੀ ਆ। ਜਿਵੇਂ ਅੱਜ ਮਾਰਸ਼ਲ ਆਰਟ ਕਹਿ ਦਿੰਦੇ ਨੇ ਕਿ ਉਹ ਸਿੱਖਣਾ ਜ਼ਰੂਰੀ ਆ, ਤਾਂ ਇਹ ਵੀ ਬਹੁਤ ਜ਼ਰੂਰੀ ਆ। ਇਹ ਲਾਹੀ ਬਾਣੀ ਦਾ ਜਿਹੜਾ ਪ੍ਰਤੀਕ ਆ, ਲਾਹੀ ਬਾਣੀ ਜਿਹੜੀ ਕਿ ਸ਼ਕਤੀ ਦਿੰਦੀ ਆ, ਬਿਰਧ ਭਰਦੀ ਆ। ਕਿੰਨੇ ਸੋਹਣੇ ਲੱਗਦੇ ਨੇ, ਸਿਰਾਂ ਤੇ ਦਸਤਾਰਾਂ ਦਮਾਲੇ ਸਜੇ ਨੇ ਤੇ ਆਪਣੇ ਪੁਰਾਤਨ ਇਤਿਹਾਸ ਦੇ ਨਾਲ ਜੁੜੇ ਹੋਏ ਨੇ।
ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਤੋਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਇਹ ਤਸਵੀਰਾਂ ਤੁਹਾਨੂੰ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਦਿਖਾਵਾਂਗੇ। ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੋਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੂੰ ਅੱਜ ਮਨਾਇਆ ਜਾ ਰਿਹਾ। ਸੰਗਤਾਂ ਕਾਫੀ ਜਿਹੜੀਆਂ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਅੱਜ ਲਾਸਟ ਦਿਨ ਆ ਜਿਹੜਾ ਕਿ ਇੱਥੇ ਸਭਾ ਦਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਸਭਾ ਗੀ ਸ਼ਹੀਦੀ ਸਭਾ ਗੀ, ਜਿਸ ਸਭਾ ਦੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੀ ਹਾਲ ਹੈ ਜੀ, ਕਿਵੇਂ ਹੋ, ਠੀਕ ਹੋ? ਕਿਵੇਂ ਰਿਹਾ ਅੱਜ ਦਾ ਜੋ ਸਮਾਗਮ ਸ਼ਹੀਦੀ ਸਮਾਗਮ ਸੀਗਾ, ਉਸ ਨੂੰ ਦੇਖਦੇ ਹੋ? ਇੱਥੇ ਆਈ ਵਾਰ ਮਿਲਦੇ ਆਂਗੇ ਤੇ ਸੋਗ ਵੀ ਆ ਤੇ ਚੜ੍ਹਦੀ ਕਲਾ ਦੇ ਜੈਕਾਰੇ ਵੀ ਗੂੰਜਦੇ ਆ। ਇਹਨਾਂ ਦਿਨਾਂ ਦੇ ਵਿੱਚ ਆਪਾਂ ਕੋਈ ਜ਼ਿਆਦਾ ਕੁਝ ਬੋਲ ਨਹੀਂ ਸਕਦੇ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਨੇ ਤੇ ਸਾਰੀਆਂ ਸੰਗਤਾਂ ਵਿਰਾਗਮਈ ਢੰਗ ਦੇ ਵਿੱਚ ਇੱਥੇ ਨਤਮਸਤਕ ਹੋ ਰਹੀਆਂ ਨੇ ਤੇ ਜੈਕਾਰੇ ਗੂੰਜ ਰਹੇ ਨੇ ਸਤਿਗੁਰਾਂ ਦੀ ਕਿਰਪਾ ਦੇ ਗੈਲ। ਤੁਸੀਂ ਆ ਦੇਖਦੇ ਹੋ ਵੀ ਨਗਰ ਕੀਰਤਨ ਕੱਢੇ ਜਾ ਰਹੇ ਨੇ। ਪਾਲਕੀ ਸਾਹਿਬ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚ ਜਾਊਗਾ। ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਜਿਵੇਂ ਬਾਈ ਨੇ ਦੱਸਿਆ ਕਿ ਅਸੀਂ ਜ਼ਿਆਦਾ ਬੋਲ ਨਹੀਂ ਸਕਦੇ ਹੁੰਦੇ ਕਿਉਂਕਿ ਚੜ੍ਹਦੀ ਕਲਾ ਦੇ ਜੈਕਾਰੇ ਜ਼ਰੂਰ ਗੂੰਜਣਗੇ। ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਜ਼ਰੂਰ ਲੱਗਣਗੇ। ਪਿੱਛੇ ਜੇ ਗੱਲਾਂ ਚੱਲੀਆਂ ਕਿ ਇੱਥੇ ਮੰਤਮੀ ਬਿਗਲ ਵਜਾਏ ਜਾਣ, ਅੱਜ ਜਿਨ੍ਹਾਂ ਨੇ ਉਹ ਟਵੀਟ ਕਰੇ, ਜਿਨ੍ਹਾਂ ਨੇ ਉਹ ਕਈਆਂ ਗੱਲਾਂ ਜਾਂ ਜਿਨ੍ਹਾਂ ਨੇ ਉਹ ਸ਼ੇਅਰਿੰਗ ਕਰੀਆਂ ਤਾਂ ਉਹ ਇਹ ਤਸਵੀਰ ਨੂੰ ਅੱਜ ਜ਼ਰੂਰ ਦੇਖਣ। ਇੱਥੇ ਅੱਜ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਣਗੇ। ਇੱਥੇ ਅੱਜ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਕਿ ਨਗਰ ਕੀਰਤਨ ਆ ਇਹ ਦਰਸਾਉਂਦਾ, ਇਹ ਦੱਸਦਾ ਕਿ ਜਦੋਂ ਹਕੂਮਤ ਨੇ ਸਜ਼ਾ ਦੇਣ ਦੀ ਗੱਲ ਕੀਤੀ ਤਾਂ ਉਦੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ। ਉਦੋਂ ਛੋਟੇ ਸਾਹਿਬਜ਼ਾਦਿਆਂ ਦੇ ਵੱਲੋਂ ਵੱਡੇ ਜਿਹੜੇ ਕਿ ਸਾਕੇ ਸੀ ਉਹ ਕੀਤੇ ਗਏ। ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਨੇ ਇਸ ਧਰਤੀ ਤੇ। ਇਸ ਧਰਤੀ ਨੂੰ ਸਜਦਾ ਕਰੀਦਾ ਕਿ ਜਦੋਂ ਇੱਥੇ ਸੰਗਤ ਆਉਂਦੀ ਹੈ ਤਾਂ ਸੰਗਤ ਦੇ ਵੱਲੋਂ ਬਹੁਤ ਜੋਸ਼ ਦੇ ਨਾਲ, ਬਹੁਤ ਹੋਸ਼ ਦੇ ਨਾਲ ਜਿਹੜਾ ਕਿ ਇੱਥੇ ਆ ਕੇ ਮੱਥਾ ਟੇਕੀਦਾ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਦਾ। ਤਾਂ ਮੁਲਾਜ਼ਮ ਨੇ ਸਰ 3-4 ਦਿਨ ਹੋ ਗਿਆ ਲਗਾਤਾਰ ਡਿਊਟੀ ਆ। ਸੰਗਤ ਦਾ ਉਹਨਾਂ ਨਾਲ ਵੀ ਕਰ ਲਾਂਗੇ, ਤੁਸੀਂ ਵੀ ਤਾਂ ਮੁਲਾਜ਼ਮ ਸੇਵਾਦਾਰ ਹੋ। ਹਾਂ ਸੇਵਾਦਾਰ। ਤਾਂ ਅਸੀਂ ਇੱਧਰ ਵੀ ਚਲੋ ਇਹਨਾਂ ਦੀ ਮਜਬੂਰੀ ਹੁੰਦੀ ਆ। ਸਰ ਮਾਹੌਲ ਕਿਵੇਂ ਦਾ ਲੱਗ ਰਿਹਾ ਜਿਹੜਾ ਇੱਥੇ ਸ਼ਹੀਦੀ ਸਭਾ ਦਾ ਮਾਹੌਲ ਹੁੰਦਾ? ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਨੇ, ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ। ਵੇਖੋ ਜੀ, ਇਹ ਤੇ ਹੁਣ ਗੱਲ ਕਹਿਣ ਵਾਲੀ ਤੇ ਕਰਨ ਵਾਲੀ ਨਹੀਂ ਹੈ। ਜਿਹੜੇ ਇੱਥੋਂ ਦਾ ਇਤਿਹਾਸ ਹੈ ਉਹ ਤਾਂ ਹਰ ਸਿੱਖ ਨੂੰ ਪਤਾ ਹੈ। ਇਹ ਤੇ ਲੂੰ ਕੰਡੇ ਖੜੇ ਕਰਨ ਵਾਲਾ ਇਤਿਹਾਸ ਹੈ ਇੱਥੇ ਦਾ। ਆਪਣੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ 2 ਛੋਟੇ ਸਾਹਿਬਜ਼ਾਦੇ ਇੱਥੇ ਜਿਹੜੇ ਨੀਹਾਂ 'ਚ ਉਹ ਚੁਣੇ ਗਏ ਨੇ ਤੇ ਚਿਣ ਕੇ ਉਹ ਇੱਥੇ ਸ਼ਹੀਦ ਕੀਤੇ ਗਏ ਨੇ। ਉਸ ਮੌਕੇ ਦੀ ਸਰਕਾਰ ਵੱਲੋਂ ਮਾਹੌਲ ਤੇ ਹੁਣ ਲੋਕੀ ਇੱਥੇ ਜਿਹੜੀ ਵੀ ਸੰਗਤ ਆਉਂਦੀ ਆ ਬੜੀ ਸ਼ਰਧਾ ਦੇ ਨਾਲ ਆਪਣੇ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਆਉਂਦੀ ਹੈ। ਉਹਨਾਂ ਦੀਆਂ ਮਤਲਬ ਸਭਾ ਨੂੰ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਤੇ ਬੜਾ ਵਧੀਆ ਮਾਹੌਲ ਹੈ। ਲੰਗਰ ਗੁਰੂ ਮਹਾਰਾਜ ਦੇ ਪਾਤਸ਼ਾਹ ਸੰਗਤ ਨੇ ਲਾਏ ਹੋਏ ਆ ਤੇ ਬੜਾ ਵਧੀਆ ਮਾਹੌਲ ਹੈ, ਸੇਫ ਹੈ। ਕੋਈ ਦਿੱਕਤ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਜਿੱਦਾਂ ਤੁਹਾਡੀ ਡਿਊਟੀਆਂ ਲੱਗਦੀਆਂ ਨੇ, ਆਈ ਵਾਰ ਤੁਸੀਂ ਇੱਥੇ ਆਉਂਦੇ ਹੋ, ਕੋਈ ਅਜਿਹੀ ਸ਼ਰਾਰਤੀ ਅਨਸਰ ਵੀ ਕਈ ਵਾਰ ਵੜ ਜਾਂਦੇ ਨੇ ਅਜਿਹੇ ਇਕੱਠਾਂ ਦੇ ਵਿੱਚ ਜੀ ਜਦੋਂ ਇੱਥੇ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਜਿਹੜਾ ਕਿ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ? ਵੇਖੋ ਜੀ, ਇੱਕ ਚੀਜ਼ ਜਿਹੜੀ ਹੋ ਜਾਣੀ ਨਾ, ਇੱਕ ਪਾਸਾ ਪਲਟ ਜਾਣਾ, ਉਹ ਤੋਂ ਯੁੱਗ ਪਲਟਣ ਦੇ ਪ੍ਰਤੀਕ ਹੁੰਦਾ। ਜੇ ਇੱਥੇ ਮੰਨ ਲਓ ਦੁਨੀਆ ਤੇ ਇੱਕ ਬੰਦਾ ਵੀ ਕਿਸੇ ਦੂਜੇ ਕਿਸਮ ਦਾ ਹੈਗਾ ਤੇ ਉਹ ਮਤਲਬ ਹੁੰਦਾ ਵਾ। ਜੇ ਮੰਨ ਲਓ ਸਾਰੇ ਸੰਤੀ ਬਣ ਗਏ ਤੇ ਯੁੱਗ ਪਲਟੀ ਹੋ ਜਾਣਾ। ਜੇ ਸਾਰੇ ਚੋਰ ਬਣ ਗਏ ਤਾਂ ਵੀ ਯੁੱਗ ਪਲਟੀ ਹੋ ਜਾਣਾ। ਹਰ ਤਰ੍ਹਾਂ ਦੀ ਦੁਨੀਆ ਇੱਥੇ ਆਉਂਦੀ ਹੈ, ਠੀਕ ਨਹੀਂ? ਚੋਰ ਵੀ ਆਸਤਾ ਲੈ ਕੇ ਆਉਂਦਾ ਵੀ ਮੈਨੂੰ ਇੱਥੇ ਕੋਈ ਨਾ ਕੋਈ ਮਿਲ ਜਾਊਗਾ। ਹਰ ਬੰਦੇ ਦੀ ਆਸਤਾ ਹੁੰਦੀ ਆਪਣੀ ਆਪਣੀ, ਉਸ ਹਿਸਾਬ ਨਾਲ ਹਰ ਬੰਦਾ ਇੱਥੇ ਆਉਂਦਾ, ਲੈਣ ਵਾਸਤੇ ਆਉਂਦਾ। ਜੋ ਆਉਂਦਾ ਇੱਥੇ ਕੋਈ ਲੈਣ ਵਾਸਤੇ ਆਉਂਦਾ, ਦੇਣ ਵਾਸਤੇ ਕੋਈ ਕਿਸੇ ਨੂੰ ਨਹੀਂ ਆਉਂਦਾ। ਓਕੇ, ਥੈਂਕ ਯੂ। ਤਾਂ ਇੱਥੇ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਲੱਗੀ ਆ ਪਿਛਲੇ 3-4 ਦਿਨਾਂ ਤੋਂ ਇੱਥੇ ਨੇ। ਜਦੋਂ ਸ਼ਹੀਦੀ ਸਭਾ ਦੇ ਦਿਨ ਨੇੜੇ ਆਉਂਦੇ ਨੇ ਤਾਂ ਉਦੋਂ ਸੰਗਤਾਂ ਦੇ ਵਿੱਚ ਇੱਕ ਜਿਹੜਾ ਚਾਅ ਗਾ ਉਹ ਹੁੰਦਾ ਗਾ ਕਿ ਅੱਜ ਦੇ ਦਿਨ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੀ। ਤਾਂ ਇਹ ਵੀ ਇੱਕ ਇਤਿਹਾਸ ਦਾ ਹੀ ਅੰਗ ਆ ਜਿਹੜਾ ਕਿ ਗੱਤਕਾ ਖੇਡਿਆ ਜਾਂਦਾ। ਇਹ ਵੀ ਇੱਕ ਇਤਿਹਾਸ ਦਾ ਇੱਥੇ ਸੰਗਤ ਆ ਜਿਹੜੀ ਉਹ ਖੜੀ ਹੋਈ ਆ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇਹ ਤਸਵੀਰਾਂ
ਤੁਹਾਨੂੰ ਦਿਖਾਈਆਂ ਜਾਣ। ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਆ ਜਿਹੜਾ ਕਿ ਸਾਹਮਣੇ ਆਵੇਗਾ। ਅਸੀਂ ਤੁਹਾਡੇ ਨਾਲ ਇੱਥੋਂ ਦੀਆਂ ਜਿਹੜੀਆਂ ਕਿ ਤਸਵੀਰਾਂ ਅੱਜ ਸਾਂਝੀਆਂ ਕਰਾਂਗੇ। ਸ਼ਹੀਦੀ ਸਭਾ ਦੀਆਂ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਕਿਸ ਤਰ੍ਹਾਂ ਜਿਹੜੀਆਂ ਕਿ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਜਿਹੜਾ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾ ਰਹੇ ਨੇ। ਨਿਹੰਗ ਸਿੰਘ ਫੌਜਾਂ ਦੇ ਵੱਲੋਂ ਜਿਹੜੀ ਕਿ ਆਪਣੀ ਕਲਾ ਗੀ ਉਹ ਇੱਥੇ ਦਰਸਾਈ ਜਾਂਦੀ ਆ, ਵਰਤਾਈ ਜਾਂਦੀ ਆ। ਤਾਂ ਇਹ ਗੁਰੂ ਦੀ ਕਲਾ ਗੀ ਇਸ ਧਰਤੀ ਦੇ ਉੱਪਰ ਜਿਹੜੀ ਕਿ ਅਕਾਲ ਪੁਰਖ ਦੀ ਕਲਾ ਵਰਤਦੀ ਆ। ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਨੇ ਇਹ ਦਿਨ। ਜਦੋਂ ਕਿਹਾ ਗਿਆ ਕਿ ਇੱਕ ਮੰਤਵੀ ਬਿਗਲ ਵੱਜੂਗਾ ਤਾਂ ਫਿਰ ਸੰਗਤਾਂ ਨੇ ਦੱਸਿਆ ਕਿ ਮੰਤਵੀ ਬਿਗਲ ਨਹੀਂ ਹੁੰਦੇ, ਨਗਾਰੇ ਵੱਜਦੇ ਹੁੰਦੇ ਨੇ। ਚੜ੍ਹਦੀ ਕਲਾ ਦਾ ਪ੍ਰਤੀਕ ਸੀ ਉਦੋਂ ਬੋਲੇ ਸੋ ਨਿਹਾਲ ਦੇ ਜਕਾਰੇ ਗੂੰਜੇ ਸੀ। ਉਦੋਂ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਭਾਣਾ ਮੰਨਿਆ ਸੀ। ਇਹ ਕਾਫੀ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਮੰਤਵੀ ਬਿਗਲ ਵੱਜਣਗੇ, ਇਹ ਹੋਊਗਾ ਉਹ ਹੋਊਗਾ, ਪਰ ਇਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਜੀ। ਇਹ ਤਾਂ ਸ਼ੁਰੂ ਤੋਂ ਹੀ ਨੇ ਸਿੱਖ ਪੰਥ ਜੂਝਦਾ ਹੋਇਆ। ਸਿੱਖ ਪੰਥ ਜੂਝਣ ਕਰਕੇ ਖਾਲਸਾ ਜਕਾਰੇ ਚੱਲਦੇ ਨੇ, ਬਿਗਲ ਨਹੀਂ ਚੱਲਦੇ ਉਰੇ। ਖਾਲਸਾ ਦਾ ਬੋਲ ਵਾਲਾ ਹੁੰਦਾ, ਖਾਲਸੇ ਜਕਾਰੇ ਲੱਗਦੇ ਨੇ। ਕਿ ਇਹ ਮਾਹੌਲ ਨੂੰ ਜਦੋਂ ਦੇਖਦੇ ਹੋ ਮਨ ਨੂੰ ਇੱਕ ਰੁੱਗ ਵੀ ਭਰਿਆ ਜਾਂਦਾ, ਅੰਦਰੋਂ ਹੌਂਕਾ ਵੀ ਆਉਂਦਾ। ਚੜ੍ਹਦੀ ਕਲਾ ਇਹ ਸਾਡੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਛੋਟੀਆਂ ਜਿੰਦਾਂ ਵੱਡਾ ਸਾਕਾ। ਜਦੋਂ ਆਪਣੀ ਦੇਖੋ ਜਿੰਦ ਕੁਛ ਨਹੀਂ ਹੁੰਦੀ ਬੰਦੇ ਜਿਹੜਾ ਅੰਦਰ ਹੈ, ਅੰਦਰ ਦੀ ਆਤਮਾ ਹੈ ਜਾਂ ਸਾਡੀ ਅੰਦਰ ਉਹਨਾਂ ਦੀ ਕੀ ਸਾਹਿਬਜ਼ਾਦਿਆਂ ਦੀ ਆਤਮਾ ਮਾਰਨੀ ਚਾਹੁੰਦੇ ਸੀਗੇ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਗੱਤਕੇ ਦੇ ਜੌਹਰ ਆ ਉਹ ਦਿਖਾਏ ਜਾਂਦੇ ਨੇ। ਇੱਧਰ ਤਸਵੀਰ ਦਿਖਾ। ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਰਹੇ ਕਿ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ। ਤਾਂ ਦੇਖ ਰਹੇ ਹੋ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਵਾਰੀ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ। ਕਿੰਨੀ ਉਮਰ ਆ ਬਜ਼ੁਰਗੋ ਤੁਹਾਡੀ? 65 ਤੋਂ ਉੱਪਰ ਆ ਜੀ। 65 ਤੋਂ ਉੱਪਰ। ਹਾਂਜੀ। ਬਾਬਾ ਦੀਪ ਸਿੰਘ ਦੀ ਯਾਦ ਦਿਵਾਤੀ ਆ ਜਦੋਂ ਬਾਬਾ ਦੀਪ ਸਿੰਘ ਨੇ ਖੰਡੇ ਦੀ ਗੱਲ ਕੀਤੀ, ਕਿਹਾ ਕਿ ਜਿਹੜੇ ਨੂੰ ਜਾਨ ਪਿਆਰੀ ਆ ਉਹ ਇਸ ਲਕੀਰ ਤੋਂ ਪਿੱਛੇ ਮੁੜ ਜਾਓ, ਜਿਨ੍ਹਾਂ ਨੂੰ ਗੁਰੂ ਪਿਆਰਾ ਉਹ ਅੱਗੇ ਆ ਜਾਓ। ਸਹੀ ਹੈ ਜੀ। ਅੱਜ ਜਦੋਂ ਤੁਸੀਂ ਗੱਤਕਾ ਖੇਡ ਰਹੇ ਸੀ ਤਾਂ ਉਹ ਯਾਦ ਆ ਗਈ, ਉਹ ਕਥਾ ਜਿਹੜੀ ਉਹ ਕਹਾਣੀ ਇਹ ਜਦਾ ਹੀ ਯਾਦ ਆ ਸਿੰਘਾਂ ਨੂੰ, ਸਿੰਘਾਂ ਦੇ ਹਿਰਦੇ ਵਿੱਚ ਜਿੰਨੇ ਗੱਤਕੇ ਸਭ ਦੇ ਹਿਰਦੇ ਤੋਂ ਬਾਹਰ ਕਿਤੇ ਨਹੀਂ ਗਏ। ਮਹਾਰਾਜ ਨਾਲ ਹੀ ਨੇ। ਦੇਖ ਸਕਦੇ ਹੋ ਕਿ ਜੀ ਬਈ ਜਿਨ੍ਹਾਂ ਜਨਮ ਲਿਆ ਖੰਡੇ ਦੀ ਧਾਰ ਵਿੱਚੋਂ ਉਹਨਾਂ ਸਿੰਘਾਂ ਨੇ ਪੁੱਤ ਸਰਦਾਰ ਜੰਮਣੇ। ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਕਈ ਅਜੀਤ ਜੰਮਣੇ, ਕਈ ਜੁਝਾਰ ਜੰਮਣੇ। ਸਿੱਖ ਕੌਮ ਨਾ ਕਿਸੇ ਦੀ ਈਨ ਮੰਨੇ, ਇਹਨਾਂ ਪੰਡ ਗੁਲਾਮੀ ਦੀ ਚੁੱਕਣੀ ਰਹੀ। ਇਹਨਾਂ ਨੂੰ ਮਾਰਦਿਆਂ ਮੁੱਕ ਗਈ ਕੁੱਲ ਦੁਨੀਆ, ਇਹ ਕਿਸੇ ਦੇ ਮਾਰਿਆ ਮੁੱਕਣੀ ਰਹੀ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹੀ ਇੱਕ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਹ ਜੋ ਗੱਤਕਾ ਖੇਡਿਆ ਜਾਂਦਾ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਸ ਨੂੰ ਦੇਖ ਕੇ
ਇਹ ਕਿਹਾ ਜਾਂਦਾ ਕਿ ਜਿਸ ਦੀ ਰਗਾਂ ਦੇ ਵਿੱਚ ਖੂਨ ਖੋਲਣ ਲੱਗ ਜਾਂਦਾ। ਤੁਸੀਂ ਦੇਖ ਸਕਦੇ ਹੋ ਇੱਥੇ ਪੁਰਾਤਨ ਸ਼ਾਸਤਰ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇੱਥੇ ਸ਼ਾਸਤਰ ਨੇ ਉਹ ਵੀ ਨਾਲ ਦਿਖਾਏ ਜਾਂਦੇ ਨੇ, ਨਾਲ ਉਹਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਂਦੀ ਆ। ਤਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਆਉਂਦੀਆਂ ਨੇ ਤੁਕਾਂ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕੋਈ ਕਿਸੇ ਕੋ ਰਾਜ ਨਾ ਦੇਹੋ, ਜੋ ਲੇਹੋ ਨਿਜ ਵੱਲ ਸੇ ਲੇਹੋ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਸੇ ਕਰਕੇ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਜੋ ਭਾਰੀ ਇਕੱਠ ਆ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ। ਤਾਂ ਅੱਗੇ ਪਿਛਲੇ ਪਾਸੇ ਬਹੁਤ ਸਾਰੀ ਜਿਹੜੀ ਕਿ ਸੰਗਤ ਆ ਉਹ ਚਲਦੀ ਅੱਗੇ ਜਾ ਰਹੀ ਆ। ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ, ਸਤਿਗੁਰੇ ਆਗੇ ਸੀਸ ਭੇਟ ਦਿਓ। ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ, ਆਪੇ ਦਇਆ ਕਰੋ ਪ੍ਰਭ ਦਾਤੇ। ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਆ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਚਿਣ ਰਹੇ ਨੇ ਜਿਹੜੇ ਜਲਾਦ ਨੇ, ਉਹ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣ ਰਹੇ ਨੇ। ਤਾਂ ਇਹ ਤਸਵੀਰ ਬਹੁਤ ਕੁਝ ਆ ਜਿਹੜਾ ਕਿ ਬਿਆਨ ਕਰਦੀ ਆ। ਤਾਂ ਇਸ ਦੇ ਉੱਪਰ ਗੁਰਬਾਣੀ ਦੀਆਂ ਤੁਕਾਂ ਜੋ ਲਿਖੀਆਂ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੇ, ਸਿਰ ਦੀਜੇ ਕਾਜ ਨਾ ਕੀਜੇ। ਤਾਂ ਇਹ ਤਸਵੀਰਾਂ ਦੇ ਵਿੱਚ ਜੋ ਕੁਝ ਬਿਆਨ ਹੁੰਦਾ ਤਾਂ ਹੂਬਹੂ ਉਹ ਛੋਟੇ ਸਾਹਿਬਜ਼ਾਦੇ ਸਾਡੇ ਬਾਬੇ ਬਿਲਕੁਲ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ ਜਦੋਂ ਇਹ ਦਿਨ ਚੱਲਦੇ ਨੇ। ਜਦੋਂ ਅਸੀਂ ਉਸ ਦਰਬਾਰ ਸਾਹਿਬ ਉਸ ਕੰਧ ਦੇ ਕੋਲ ਜਾਂਦੇ ਆ ਤਾਂ ਵਜੀਦੇ ਖਾਨ ਦੀਆਂ ਤਸਵੀਰਾਂ ਆਉਂਦੀਆਂ ਨੇ ਸਾਹਮਣੇ ਕਿ ਕਿਸ ਤਰ੍ਹਾਂ ਦੇ ਜ਼ਾਲਮ ਸੀ ਉਸ ਸਮੇਂ ਦੀ ਹਕੂਮਤ, ਕਿਸ ਤਰ੍ਹਾਂ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੇ ਚੜ੍ਹਦੀ ਕਲਾ ਦੇ ਜਕਾਰੇ ਛੱਡੇ ਸੀ। ਉਦੋਂ ਵੀ ਕਹਿੰਦੇ ਸੀ ਕਿ ਸੂਬਿਆ ਸਾਨੂੰ ਤੇਰੀ ਈਨ ਪਿਆਰੀ ਨਹੀਂ, ਸਾਨੂੰ ਗੁਰੂ ਪਿਆਰਾ ਤੇ ਸਾਨੂੰ ਕੌਮ ਪਿਆਰੀ ਆ। ਇਸ ਨੀਹਾਂ ਦੇ ਵਿੱਚ ਜਿਹੜੀ ਨੀਂਹ ਧਰ ਕੇ ਗਏ ਨੇ ਸਿੱਖੀ ਦੀ, ਤਾਂ ਉਹ ਸਦਾ ਤੱਕ ਜਿਹੜੀ ਕਿ ਉਮਰਾਂ ਤੱਕ ਰਹਿੰਦੀ, ਦੁਨੀਆ ਤੱਕ ਰਹਿਣੀ ਆ। ਇਹ ਤਸਵੀਰ ਨੂੰ ਦੇਖ ਕੇ ਕੀ ਆਉਂਦਾ ਮਨ ਦੇ ਵਿੱਚ? ਇਹ ਤਸਵੀਰਾਂ ਦੇਖ ਰਹੇ ਹੋ ਪਾਸੇ ਤੇ, ਇਹਨਾਂ ਨੂੰ ਦੇਖ ਕੇ ਕੀ ਅੱਖਾਂ ਦੇ ਮੂਹਰੇ ਕੀ ਆ ਰਿਹਾਗਾ, ਦਿਲ ਦੇ ਵਿੱਚ ਕੀ ਆ ਰਿਹਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਦੁੱਖ ਹੁੰਦਾ ਜੀ ਜਿਨ੍ਹਾਂ ਦੇ ਬੱਚਿਆਂ ਦੇ ਇੰਨਾ ਕਹਿਰ ਗੁਜ਼ਰਿਆ ਜੀ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀਆਂ ਕਿ ਅੱਜ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਕਿੰਨੀ ਉਮਰ ਆ ਤੁਹਾਡੀ? ਕਿਹੜੇ ਸਕੂਲ 'ਚ ਪੜ੍ਹਦੇ ਹੋ? ਸੇਂਟ ਬ੍ਰਿੰਡਨ ਗਾਰਡਨ। ਅੱਜ ਇੱਥੇ ਖਾਲਸੇ ਦੇ ਬੋਲਬਾਲੇ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਨਗਰ ਕੀਰਤਨ ਛੋਟੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ। ਯਾਦ ਆਉਂਦੀ ਆ ਛੋਟੇ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ? ਹਾਂਜੀ। ਕੀ ਨਾਮ ਕੀ ਆ ਤੁਹਾਡਾ? ਗੁਰਲੀਨ ਕੌਰ। ਗੁਰਲੀਨ ਕੌਰ। ਸਾਹਿਬਜ਼ਾਦਿਆਂ ਦੇ ਨਾਮ ਚਾਰਾਂ ਦੇ ਪਤਾ ਯਾਦ ਨੇ? ਬਾਬਾ ਜਰੋਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੁਰਾਰ ਸਿੰਘ ਜੀ। ਤਾਂ ਇਹ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਇਤਿਹਾਸ ਪੜ੍ਹਾਵਾਂਗੇ ਤਾਂ ਇਹਨਾਂ ਨੇ ਵੱਡੇ ਹੋ ਕੇ ਆਪਣੇ ਗਾਹਾਂ ਪੀੜ੍ਹੀਆਂ ਨੂੰ ਇਤਿਹਾਸ ਦੱਸਣਾ। ਇਹ ਇਤਿਹਾਸ ਆ ਜਿਹੜਾ ਕਿ ਜੁਗਾਂ ਤੱਕ ਚੱਲਦਾ ਰਹਿਣਾ। ਜੁਗੋ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦਕਾ, ਜਿਹੜੀ ਕਿ ਪ੍ਰੇਰਨਾ ਸਦਕਾ ਇਹ ਇਤਿਹਾਸ ਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜਿਹੜੇ ਬੱਚੇ ਨੇ ਇੱਥੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਉਹ ਪਹੁੰਚੇ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕਿ ਵੱਡੀ ਸੰਗਤ ਦਾ ਵੱਡਾ ਇਕੱਠ ਜਿਹੜਾ ਕਿ ਠਾਠਾਂ ਮਾਰਦਾ। ਬਾਬਾ ਜੀ ਕਿਵੇਂ ਅਸੀਂ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਕ ਇੱਥੇ ਬਰਾਗ ਮਨਾਈਏ ਜਾਂ ਚੜ੍ਹਦੀ ਕਲਾ ਦੇ ਜਕਾਰੇ ਛੱਡੀਏ? ਇਹ ਦੋਨਾਂ ਵਿੱਚ ਕੁਝ ਵੀ ਕਹਿ ਸਕਦੇ ਆ ਮਹਾਰਾਜ। ਇੱਕ ਬਰਾਗ ਦੇ ਵੀ ਜਕਾਰੇ ਬੱਲੇ ਜਾ ਸਕਦੇ ਨੇ ਤੇ ਖੁਸ਼ੀ ਦੇ ਵੀ ਜਕਾਰੇ ਜੀ। ਖੁਸ਼ੀ ਦੇ ਐਂਚਨ ਜੀ ਜੋ ਸ਼ਹੀਦੀ ਛੋਟੇ ਸਾਹਿਬਜ਼ਾਦੇ ਨੇ ਪਾਈ ਹੈ ਸਾਡੇ ਲਈ, ਉਹ ਕੋਈ ਨਹੀਂ ਜ਼ਿੰਦਗੀ 'ਚ ਪਾ ਸਕਦਾ ਮਹਾਰਾਜ। ਉਹ ਬਰਾਗ ਹਾਂਜੀ ਖੁਸ਼ੀ ਦੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਹਮੇਸ਼ਾ ਹੀ ਰਹੂਗੀ ਜੀ। ਮੰਤਮੀ ਬਿਗਲ ਵਜਾਉਣ ਦੀਆਂ ਗੱਲਾਂ ਹੋਈਆਂ, ਮੁੱਖ ਮੰਤਰੀ ਕਹਿੰਦੇ ਮੰਤਮੀ ਬਿਗਲ ਵਜਾਇਆ ਜਾਊਗਾ। ਮੰਤਮ ਤਾਂ ਨਹੀਂ ਮਨਾਇਆ ਕਦੇ? ਨਹੀਂ ਜੀ, ਨਹੀਂ ਖਾਲਸੇ ਨੇ ਕਦੇ ਨਹੀਂ ਮਨਾਇਆ ਜੀ।
ਚੜ੍ਹਦੀ ਕਲਾ 'ਚ ਰਿਹਾ ਤਾਂ ਚੜ੍ਹਦੀ ਕਲਾ 'ਚ ਹੀ ਰਹੇਗਾ ਜੀ। ਬਿਲਕੁਲ ਹਾਂਜੀ। ਤਾਂ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਜੋ ਇੱਥੇ ਸੰਗਤ ਅੱਜ ਪਹੁੰਚੀ ਆ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਇਸ ਧਰਤੀ ਤੇ ਲਿਆਂਦਾ ਗਿਆ, ਇਸ ਜਗ੍ਹਾ ਤੇ ਲਿਆਂਦਾ ਗਿਆ, ਤਾਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਬੜੀਆਂ ਜਿਹੜੀਆਂ ਕਿ ਕਹਾਣੀਆਂ, ਬੜਾ ਜਿਹੜਾ ਕਿ ਇਤਿਹਾਸ ਪਿਆ, ਜਿਸ ਨੂੰ ਫਰੋਲਦੇ ਆ ਤਾਂ ਬੜਾ ਕੁਝ ਜਿਹੜਾ ਕਿ ਨਿਕਲਦਾ ਵਾ। ਇਤਿਹਾਸ ਦੇ ਵਿੱਚੋਂ ਬਹੁਤ ਕੁਝ ਆ ਜਿਹੜਾ ਕਿ ਸਿੱਖਣਾ ਬਾਕੀ ਆ। ਜਦੋਂ ਇਤਿਹਾਸ ਨੂੰ ਅਸੀਂ ਫਰੋਲਦੇ ਹਾਂ ਤਾਂ ਇਤਿਹਾਸ ਦੇ ਵਿੱਚੋਂ ਬਹੁਤ ਕੁਝ ਅਜਿਹੇ ਤੱਥ ਸਾਹਮਣੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਜਾਂ ਜਿਨ੍ਹਾਂ ਨੂੰ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪੜ੍ਹ ਕੇ ਇਹ ਲੱਗਦਾ ਕਿ ਇਸ ਕੌਮ ਦੇ ਸਿਰ ਸ਼ਾਇਦ ਇਹੀ ਕੁਝ ਲਿਖਿਆ। ਇਸ ਕੌਮ ਨੇ ਰਾਜ ਵੀ ਕੀਤਾ ਤੇ ਇਸ ਕੌਮ, ਤੁਸੀਂ ਦੇਖੋ ਕਿ ਜਵਾਨ ਨੇ ਬਈ ਇੱਥੇ ਸਵਾਗਤ ਦੇ ਲਈ ਖੜੇ ਹੋ। ਯਾਦ ਦੇ ਵਿੱਚ ਇੱਕ ਨਗਰ ਕੀਰਤਨ ਆ ਜਿਹੜਾ ਕਿ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਬਰਨਾਲਾ ਸ਼ਹਿਰ ਤੋਂ। ਬਰਨਾਲੇ ਤੋਂ? ਹਾਂ ਜੀ। ਮੇਰੇ ਵਾਲੀ ਸਾਈਡ ਤੋਂ ਆਏ ਹੋ। ਕਿਹੜਾ ਪਿੰਡ ਆ? ਧਨੌਲਾ। ਇਹ ਮੇਰੇ ਪਿੰਡਾਂ ਵੱਲ ਦੇ ਨੇ ਨੌਜਵਾਨ। ਮੇਰੇ ਪਿੰਡਾਂ ਵੱਲੋਂ ਬੜੀ ਸੰਗਤ ਆਉਂਦੀ ਆ, ਤੁਹਾਨੂੰ ਦੱਸ ਦਈਏ ਕਿ ਉਧਰਲੀ ਸਾਈਡ ਤੋਂ ਬੜੀ ਸੰਗਤ ਆਉਂਦੀ ਆ। ਟਰੈਕਟਰਾਂ ਤੇ ਆਏ ਹੋ? ਹਾਂਜੀ, ਟਰੈਕਟਰਾਂ ਤੇ। ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ? ਸਾਨੂੰ ਅਸੀਂ 24 ਤਰੀਕ ਦੇ ਆਏ ਹਾਂ। 24 ਤਰੀਕ ਦੇ। ਅੱਜ ਇੱਥੇ ਕੀ ਭਰਨ ਕਰਕੇ ਜਾਓਗੇ? ਜਿਵੇਂ ਨਾਈ ਦੀ ਦੁਕਾਨ ਤੇ ਜਾਂਦੇ ਹੋ, ਕੇਸ ਦਾੜੀ ਕਤਲ ਕਰਵਾਉਣੇ ਹੋ, ਨਹੀਂ ਕਰਵਾਉਂਦੇ? ਕੋਈ ਹੈ ਦਿਲ ਦੇ ਵਿੱਚ? ਨਹੀਂ ਨਹੀਂ, ਹਲੇ ਕੋਈ ਮਨ ਨਹੀਂ ਬਣਿਆ ਨਾ। ਜਦੋਂ ਬਾਬੇ ਨੇ ਚਾਹਿਆ ਕੋਈ ਨਹੀਂ, ਅੰਮ੍ਰਿਤ ਛਕ ਲਾਂਗੇ। ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਮਿਹਰ ਹੋਵੇ, ਵਾਹਿਗੁਰੂ ਇਹਨਾਂ ਤੇ ਮਿਹਰ ਕਰੇ। ਕਿ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਨਗਰ ਕੀਰਤਨ ਗੁਜ਼ਰ ਰਿਹਾ, ਇਹ ਤੁਹਾਡੇ ਨਾਲ ਨੇ ਨੌਜਵਾਨ। ਤੇ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ? ਹੋ ਗਏ 2 ਦਿਨ ਹੋ ਗਏ ਜੀ। 2 ਦਿਨ ਹੋ ਗਏ। ਇੱਥੇ ਸੇਵਾ ਕਰਨ ਆਉਣੇ ਹੋ? ਹਾਂ, ਸੇਵਾ ਕਰਨੀ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਹੜੀ ਕਿ ਸੰਗਤ ਆ ਇਸ ਜਗ੍ਹਾ ਤੇ ਪਹੁੰਚੀ ਆ। ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰੀਏ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਹ ਪੰਜ ਪਿਆਰਿਆਂ ਦੀ ਯਾਦ ਦਿਵਾ ਰਹੀਆਂ ਤਸਵੀਰਾਂ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਅੱਗੇ ਆਉਂਦਾ। ਤਾਂ ਅੱਜ ਕੋਸ਼ਿਸ਼ ਕਰਾਂਗੇ ਕਿ ਪੂਰੀ ਦੀ ਪੂਰੀ ਜਿਹੜੀ ਕਿ ਤਸਵੀਰ ਆ ਉਹ ਤੁਹਾਡੇ ਸਨਮੁਖ ਕਰੀ ਜਾਵੇ, ਤੁਹਾਡੇ ਰੂਬਰੂ ਕਰੀ ਜਾਵੇ, ਤਾਂ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਹੁਤ ਕੁਝ ਅਜਿਹਾ ਜਿਹੜਾ ਕਿ ਸਾਹਮਣੇ ਆਵੇਗਾ, ਜਿਹੜਾ ਕਿ ਇਹ ਦੱਸੇਗਾ ਕਿ ਉਸ ਵਕਤ ਚੜ੍ਹਦੀ ਕਲਾ ਦੇ ਜਕਾਰੇ ਗੂੰਜੇ ਤੇ ਅੱਜ ਵੀ ਉਹ ਜਕਾਰੇ ਜਿਉਂ ਦੀ ਤਿਉਂ ਗੂੰਜ ਰਹੇ ਨੇ। ਕਿਹੜੇ ਥਾਂ ਤੋਂ ਆਏ ਹੋ ਤੁਸੀਂ? ਕਿਹੜੇ ਥਾਂ ਤੋਂ ਆਏ ਹੋ? ਅਸੀਂ ਤੁਸੀਂ ਬਣਾ ਦੋ ਜੀ। ਇਹ ਇੱਥੇ ਪਹੁੰਚੇ ਹੋ, ਕਿੱਦਾਂ ਦਾ ਮਹਿਸੂਸ ਕੀ ਹੋ ਰਿਹਾ ਇਸ ਜਗ੍ਹਾ ਨੂੰ ਦੇਖ ਕੇ? ਕੀ ਮਹਿਸੂਸ ਕੀ ਕਰਦੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਿੰਨੇ ਉਹ ਕੁਰਬਾਨੀ ਕੀਤੀ ਹੈ ਜਿਨ੍ਹਾਂ ਨੇ, ਵੀ ਉਹ ਕਿੰਨੇ ਮਹਾਨ ਸ਼ਹੀਦਾਂ ਨੇ। ਤਾਂ ਕਿੰਨੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣੇ ਆ ਉਹ ਦਿਨ। ਤਾਂ ਇਹ ਠੀਕ ਹੋ? ਇਹ ਠੀਕ ਹੋ? ਤਾਂ ਇਹ ਅਸੀਂ ਤੁਹਾਡੇ ਨਾਲ ਇਸੇ ਕਰਕੇ ਇੱਥੋਂ ਜਿਹੜਾ ਕਿ ਪਿੱਛੇ ਚੱਲਦੇ ਹਾਂ। ਤਾਂ ਜਦੋਂ ਤਸਵੀਰ ਤੁਹਾਨੂੰ ਦਿਖਾਉਣੀ ਆ ਪਿਛਲੀ, ਤਾਂ ਬਹੁਤ ਕੁਝ ਜਿਹੜਾ ਕਿ ਸਾਹਮਣੇ ਆ ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਟੱਲ ਨੇ ਤੇ ਟੱਲ ਰਹਿਣੇ ਆ।
ਇਹਨਾਂ ਝੰਡਿਆਂ ਦੇ ਨਾਲ ਪ੍ਰਤੀਕ ਹੁੰਦਾ ਕਿ ਚੜ੍ਹਦੀ ਕਲਾ ਵਾਲਾ ਦਿਨ ਹੈ। ਅਸੀਂ ਤੁਹਾਨੂੰ ਇਹ ਤਸਵੀਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਤੇ ਜੁਗਾਂ ਜੁਗਾਂ ਤੱਕ ਇਹ ਸਾਕੇ ਜਿਉਂਦੇ ਰਹਿਣੇ ਆ। ਜਦੋਂ ਵੀ ਇਹ ਦਿਨ ਆਵੇਗਾ ਤਾਂ ਉਦੋਂ ਹੀ ਖਾਲਸਾ ਪੰਥ ਇੱਥੇ ਇਕੱਠਾ ਹੋਵੇਗਾ ਤੇ ਝੰਡੇ ਬੁੰਗੇ ਜੁਗੋ ਜੁਗ ਅਟੱਲ ਦਾ ਜਿਹੜਾ ਕਿ ਪ੍ਰਤੀਕ ਆ ਉਹ ਸਾਂਝਾ ਕਰਦਾ ਰਹੇਗਾ। ਤਾਂ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਸਿੰਘ ਸਾਹਿਬ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨਾਂ ਨੂੰ ਇਹ ਦੇਖੋ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਅੱਜ ਸਾਡਾ ਉਹ ਸ਼ੁਭ ਦਿਹਾੜਾ ਹੈ ਜਿਸ ਤੋਂ ਸਾਨੂੰ ਸਿੱਖੀ ਦੀ ਪ੍ਰੇਰਨਾ ਮਿਲਦੀ ਹੈ, ਜਿੱਥੇ ਸਾਡੇ ਸਿੱਖੀ ਦੇ ਬੂਟੇ ਨੂੰ ਖੂਨ ਨਾਲ ਸਿੰਚਿਆ ਗਿਆ ਹੈ। ਅੱਜ ਜੋ ਸਿੰਚੇ ਬੂਟੇ ਦੀ ਅੱਜ ਤੁਸੀਂ ਸ਼ਾਨ ਮਾਣ ਦੇਖ ਰਹੇ ਹੋ। ਸੰਗਤ ਇਸ ਨੂੰ ਅਫਸੋਸ ਨਾਲ ਮਨਾਉਂਦੀ, ਅਫਸੋਸ ਨਹੀਂ, ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅੱਜ ਜਿੰਨੀ ਵੀ ਸੰਗਤ ਸਾਡੇ ਨਾਲ ਆਈ ਹੈ ਇਹ ਖਾਲਸਾ ਪ੍ਰਚਾਰ ਜਥਾ ਪਟਿਆਲਾ ਤੋਂ ਔਰ ਪਾਣੀਪਤ ਤੋਂ ਆਈ ਹੈ, ਜਿਹੜੀ ਕਿ ਇਸ ਨਗਰ ਕੀਰਤਨ 'ਚ ਦੀ ਸ਼ੋਭਾ ਵਧਾਉਣ ਵਾਸਤੇ ਆਈ ਹੈ। ਇਹ ਸਥਾਨ ਸਭ ਤੋਂ ਪਵਿੱਤਰ ਸਥਾਨ ਹੈ, ਜਿੱਥੇ ਸਾਡੇ ਦੋ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਬਲੀਦਾਨ ਦੇ ਕੇ ਇਸ ਧਰਤੀ ਨੂੰ ਸਿੰਚਿਆ ਹੈ, ਜਿਸ ਨਾਲ ਅੱਜ ਖਾਲਸਾ ਪ੍ਰਫੁੱਲਤ ਹੋ ਰਿਹਾ ਹੈ ਤੇ ਅੱਗੋਂ ਹੋਰ ਵੀ ਹੋਏਗਾ। ਸੋ ਮੈਂ ਖਾਲਸਾ ਜੀ ਨੂੰ ਬੇਨਤੀ ਕਰਦਾ ਹਾਂ, ਇੱਕ 35 ਅੱਖਰੀ ਬਣਾਈ ਹੈ ਕਾਰਡ ਤੇ, ਜਿਸ ਨਾਲ ਊੜਾ ਐੜਾ ਈੜੀ ਸੱਸਾ ਸਾਰਾ ਦਿੱਤਾ ਗਿਆ ਹੈ ਤੇ ਉਹ ਸੰਗਤਾਂ ਨੂੰ ਇਸ ਦੇ ਮੁਤਾਬਕ ਚੱਲਣਾ ਚਾਹੀਦਾ ਤਾਂ ਕਿ ਸਾਨੂੰ ਪੰਜਾਬੀ ਵੀ ਆਵੇ ਤੇ ਸਾਨੂੰ ਇਹਦੇ ਹਰ ਇੱਕ ਲਫ਼ਜ਼ ਦੇ ਨਾਲ ਸਿੱਖੀ ਦਾ ਮਾਰਗ ਵੀ ਅਪਣਾਈਏ। ਇਹਨਾਂ ਕਹਿ ਕੇ ਮੈਂ ਆਪ ਨੂੰ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹਨਾਂ ਨੇ 35 ਲਿਖੀ ਆ, ਇਹ ਨਾਨਕਸ਼ਾਹੀ ਕੈਲੰਡਰ ਆ। ਇਸ ਦੇ ਵਿੱਚ ਜੋ ਅੱਜ ਕੱਲ੍ਹ ਦੇ ਕੈਲੰਡਰ ਨੇ ਉਹ ਕੈਲੰਡਰ ਕੁਝ ਹੋਰ ਨੇ, ਉਹ ਅੰਗਰੇਜ਼ਾਂ ਦੇ ਦਿੱਤੇ ਹੋਏ ਕੈਲੰਡਰ ਨੇ, ਪਰ ਸਿੱਖ ਕੌਮ ਦਾ, ਸਿੱਖ ਪੰਥ ਦਾ ਇਹੋ ਹੀ ਕੈਲੰਡਰ ਆ। ਇਸ ਦੇ ਵਿੱਚ ਦੇਸੀ ਮਹੀਨੇ ਨੇ, ਇਸ ਦੇ ਵਿੱਚ ਪੋਹ, ਮਾਘ, ਜੇਠ, ਹਾੜ, ਸੌਣ, ਭਾਦੋਂ ਅਜਿਹਾ ਕੁਛ ਆ। ਤੇ ਗੁਰਮੁਖੀ ਦੇ ਵਿੱਚ ਜਿਹੜੇ ਕਿ ਇਹਦੇ ਦਿਨ ਲਿਖੇ ਹੋਏ ਨੇ ਤੇ ਗੁਰਮੁਖੀ ਦੇ ਵਿੱਚ ਹੀ ਜਿਹੜੀ ਕਿ ਅੱਖਰ ਲਿਖੇ ਹੋਏ ਨੇ। ਤਾਂ ਜਿਹੜੀ 35 ਦੀ ਗੱਲ ਕਰ ਰਹੇ ਸੀ ਬਜ਼ੁਰਗ, ਉਹ 35 ਉਹ ਸਾਨੂੰ ਗੁਰੂਆਂ ਨੇ ਦਿੱਤੀ ਆ, ਉਹ ਸਾਡੇ ਗੁਰੂਆਂ ਦੀ ਆ, ਉਹ ਵੀ ਇਸ ਦੇ ਵਿੱਚ ਲਿਖੀ ਹੋਈ ਆ। ਊੜੇ ਤੋਂ ਲੈ ਕੇ ਡਾੜੇ ਤੱਕ ਜੋ ਉਸ ਦੇ ਮਤਲਬ ਨਿਕਲਦੇ ਨੇ ਸਿੱਖ ਪੰਥ ਦੇ ਵਿੱਚ, ਉਹ ਇਸ ਦੇ ਵਿੱਚ ਮੌਜੂਦ ਨੇ। ਤਾਂ ਅਸੀਂ ਰੱਖ ਸਕਦੇ ਹਾਂ। ਤਾਂ ਅਸੀਂ ਮੰਗ ਕੇ ਲੈਤੀ ਆ, ਇੱਕ ਕੈਲੰਡਰ ਲੈਤਾ ਇਹਨਾਂ ਤੋਂ। ਇਹ ਤਸਵੀਰਾਂ, ਇਹ ਕਿੰਨੀ ਉਮਰ ਦੇ ਆ? ਇਹ 1 ਸਾਲ ਦੇ ਜੀ। 1 ਸਾਲ ਦੇ ਆ। ਕਿੰਨਾ ਕੁ ਚਾਅ ਹੁੰਦਾ, ਕਿੰਨਾ ਕੁ ਖੁਸ਼ ਹੁੰਦੇ ਨੇ ਜਦੋਂ ਇਹਨਾਂ ਦੇ ਸਿਰ ਤੇ ਦਸਤਾਰ ਸਜਾਉਣੇ? ਬਹੁਤ ਖੁਸ਼ ਹੁੰਦੇ, ਬਹੁਤ ਖੁਸ਼ ਹੁੰਦੇ ਆ। ਦੇਖੋ ਠੀਕ ਹੋ? ਬੋਲਦੇ ਨੇ ਇਹ? ਨਹੀਂ, ਹਾਲੇ ਤਾਂ ਨਹੀਂ ਬੋਲਦੇ। ਹਾਲੇ ਬੋਲਣ ਨਹੀਂ ਲੱਗੇ। ਤਾਂ ਇਹ ਦੇਖ ਸਕਦੇ ਹੋ, ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੱਛੇ ਨੂੰ ਚੱਲ ਕੇ ਹੋਰ ਵੀ ਸਾਂਝੀਆਂ ਕਰਾਂਗੇ, ਕਿਉਂਕਿ ਇਹ ਸਿੰਘ ਸਜੇ ਹੋਏ ਨੇ। ਇਹ ਖਾਲਸਾ ਪੰਥ ਦੀ ਤਸਵੀਰ ਆ, ਇੱਕ ਜਿਹੜੀ ਕਿ ਕੌਮ ਦੀ ਤਸਵੀਰ ਆ, ਇੱਕ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਝੰਡੇ, ਇਹ ਬੁੰਗੇ ਜੁਗੋ ਜੁਗ ਅਟੱਲ ਸੀ ਤੇ ਅਟੱਲ ਰਹਿਣੇ ਆ। ਇਹਨਾਂ ਦੇ ਉੱਪਰ ਬੜੇ ਸਵਾਲ ਖੜੇ ਹੁੰਦੇ ਨੇ, ਝੰਡੇ ਬੁੰਗਿਆਂ ਦੇ ਉੱਪਰ ਬੜਾ ਕੁਝ ਬੋਲਦੇ ਨੇ ਵਿਰੋਧੀ ਧਿਰਾਂ। ਕਿਵੇਂ ਦਾ ਲੱਗਦਾ ਸਿੰਘ ਸਾਹਿਬ ਅੱਜ ਦਾ ਜੋ ਦਿਨ, ਅੱਜ ਦਾ ਜੋ ਦਿਹਾੜਾ ਗਾ? ਚੜ੍ਹਦੀ ਕਲਾ ਰਹੇਗੀ ਸਦਾ ਹੀ, ਸਦਾ ਹੀ ਚੜ੍ਹਦੀ ਕਲਾ। ਉਹਨਾਂ ਦੀ ਖੇਡ ਹੈ ਸਾਰੀ। ਆ ਜੋ ਹੋ ਰਿਹਾ ਉਹਨਾਂ ਦੀ ਬਦੌਲਤ ਹੋ ਰਿਹਾ, ਹੋਰ ਨਹੀਂ। ਰਹੇਗੀ ਵੀ ਇਸ ਤਰ੍ਹਾਂ ਹੀ, ਇੱਦਾਂ ਨਹੀਂ ਦੀ ਦੁਨੀਆ ਤੱਕ ਰਹੇਗੀ। ਜਦੋਂ ਧਰਤੀ ਸਮਾਨ ਰਹੇਗਾ ਉਹਨਾਂ 'ਚ ਰਹੇਗੀ। ਤਾਂ ਇਹ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੇ ਸਾਕੇ ਹੋਏ ਨੇ ਇੱਥੇ। ਦੇਖ ਸਕਦੇ ਹੋ, ਇਹ ਤਸਵੀਰ ਦਿਖਾ। ਇਹ ਜਿਹੜੇ ਕਹਿੰਦੇ ਨੇ ਕਿ ਸ਼ਾਸਤਰਾਂ ਨਾਲ ਕਿਉਂ ਪਿਆਰ ਕਰਦੇ ਆ, ਇਹ ਪੰਜਾਬ ਦੇ ਖੂਨ ਦੇ ਵਿੱਚ ਆ, ਪੰਜਾਬ ਦੇ ਜਹਨ ਦੇ ਵਿੱਚ ਆ। ਇਹ ਤਸਵੀਰ ਹੀ ਅਜਿਹੀ ਆ ਕਿ ਜਿਹੜੀ ਸ਼ਾਸਤਰਾਂ ਦੇ ਵਿੱਚੋਂ ਜੰਮੀ ਆ ਤੇ ਸ਼ਾਸਤਰਾਂ ਦੇ ਵਿੱਚ ਹੀ ਅਲੋਪ ਹੋ ਜਾਣਾ ਇਸ ਤਸਵੀਰ ਨੇ। ਅਸੀਂ ਤੁਹਾਡੇ ਨਾਲ ਇਸੇ ਕਰਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਥੋੜਾ ਸਾਨੂੰ ਦਿਖਾ ਦਿਓਗੇ, ਅਸੀਂ ਕਵਰ ਕਰ ਲਈਏ।
ਥੋੜਾ ਜਿਹਾ ਅਸੀਂ ਕਰ ਲਈਏ ਕਵਰ ਬਾਬਾ, ਪਿੱਛੇ ਨੂੰ ਹੀ ਮਾੜਾ ਜਿਹਾ। ਇਹ ਆ ਜੌਰ ਗੱਤਕੇ ਦੇ। ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿ ਇੱਥੇ ਗੱਤਕੇ ਵਾਲੇ ਪਹੁੰਚੇ ਹੋਏ ਨੇ। ਇਹ ਸਿੰਘ ਸਾਹਿਬ ਨੇ, ਇਹ ਢੋਲ ਦੇ ਡਗੇ ਦੇ ਉੱਤੇ ਜਿਹੜੇ ਕਿ ਜੌਹਰ ਦਿਖਾਏ ਜਾਂਦੇ ਨੇ, ਤੁਸੀਂ ਦੇਖ ਸਕਦੇ ਹੋ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲੀ ਜਿਹੜੀ ਕਿ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਪਹੁੰਚਦੀ ਕੀਤੀ ਜਾਵੇ ਤੁਹਾਡੇ ਤੱਕ। ਪਿੱਛੇ ਵਾਲਿਆਂ ਦਾ ਦਿਖਾ ਦੇ ਸ਼ਾਟ। ਅਸੀਂ ਅੱਜ ਸਾਰਾ ਕਵਰ ਕਰਕੇ ਹੁੰਦਾ ਉਹ ਹੱਥ ਵਿੱਚ ਉਹਦੇ ਹਥਿਆਰ ਹੁੰਦਾ, ਔਰ ਰੋਡੇ ਪੋਡੇ ਦਿਖਦੇ ਨਾ, ਹਰ ਮੋੜ ਘੜੀ ਖੜਾ ਸਰਦਾਰ ਹੁੰਦਾ। ਉਹ ਕਿਹੜਾ ਲਾਂਦਾ ਸਾਡੇ ਸਤਿਗੁਰੂ ਬਾਬਾ ਕਲਗੀ, ਉਹਦੀ ਹਿੱਕ ਦੇ ਸਿੰਘਾਂ ਦਾ ਵਾਰ ਹੁੰਦਾ। ਬੋਲੇ ਸੋਨਿਆ ਖੁਸ਼ੀਆਂ ਜਗਾਰੇ ਬੁਲਾਵੇ, ਧੰਨ ਧੰਨ ਬਾਬਾ ਜੋਰਾਵਰ, ਧੰਨ ਧੰਨ ਬਾਬਾ ਫਤਿਹ ਸਿੰਘ, ਮਾਤਾ ਗੁਜਰ ਜੋ ਕੌਰ ਦੇ ਮਨ ਨੂੰ ਭਾਵੇ ਖੁਸ਼ੀਆਂ ਜਾਏ। ਸਤਿ ਸ੍ਰੀ ਅਕਾਲ। ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ, ਕੇਸਾਂ ਦੀ ਬੇਅਦਬੀ ਕਰਨ ਵਾਲਾ ਸਿਰਗੁੰਮ ਕਿਹਾ ਜਾਂਦਾ ਹੈ। ਇਹ ਜਿਹੜੇ ਸਲੋਗਨ ਨੇ, ਇੱਕ ਵਾਰ ਇਹ ਸਾਰੇ ਇਕੱਲਾ ਸਲੋਗਨ ਸੰਗਤ ਦੇ ਤੱਕ ਪਹੁੰਚਣਾ ਚਾਹੀਦਾ। ਤੁਸੀਂ ਭਾਈ ਸਾਹਿਬ ਗਾਂ ਨੂੰ ਆ ਜਾਓ, ਥੋੜਾ ਜਿਹਾ ਅੱਗੇ ਨੂੰ ਆ ਜਾਓ। ਇਹਦੇ ਤੇ ਵੀ ਇਹ ਦੇਖੋ, ਇਹ ਸਲੋਗਨਾਂ ਦੇ ਉੱਪਰ ਬਹੁਤ ਕੁਝ ਲਿਖਿਆ ਹੋਇਆ। ਇਹ ਸਾਡੀ ਗੁਰਬਾਣੀ ਵੀ ਕਹਿੰਦੀ ਆ, ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮੋ ਕੁਸ਼ਤੀ ਹੋ ਮਰੇ। ਤਾਂ ਇਹ ਤਸਵੀਰਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਆਈ ਵਾਰ ਤੁਸੀਂ ਲੈ ਕੇ ਚੱਲਦੇ ਹੁੰਦੇ ਹੋ, ਆਈ ਵਾਰ ਸੰਗਤ ਨੂੰ ਜਾਗਰੂਕ ਕਰਦੇ ਹੋ। ਦੇਖਦੇ ਆ, ਇੱਥੇ ਪੜ੍ਹਦੇ ਰਹੇ ਆ ਮਾਤਾ ਗੁਜਰੀ ਕਾਲਜ ਦੇ ਵਿੱਚ, ਇੱਥੇ ਦਰਸ਼ਨ ਦਿਦਾਰੇ ਵੀ ਹੁੰਦੇ ਰਹੇ ਨੇ। ਇਹ ਕਿੰਨੇ ਕੁ ਜਿਹੜਾ ਕਿ ਫਰਕ ਪੈ ਜਾਂਦਾ ਗਾ ਲੋਕਾਂ ਦੇ ਉੱਪਰ ਜਾਂ ਸੰਗਤ ਦੇ ਉੱਪਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆਏ ਵਾਰੀ ਸਾਡੇ ਨਾਲ ਜਿੰਨੇ ਸਿੰਘ ਆਉਂਦੇ ਆ ਜੀ, ਉਹਦੇ ਵਿੱਚ ਘੱਟੋ ਘੱਟ 8 ਤੋਂ 10 ਸਿੰਘ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਅਸੀਂ ਹਰ ਵਾਰੀ ਕੇਸਾਧਾਰੀ ਕਰਕੇ ਸੈਂਟਰ ਦੇ ਉੱਤੇ ਦਸਤਾਰ ਸਜਾ ਕੇ ਉਹਨਾਂ ਨਾਲ ਪ੍ਰਣ ਕੀਤਾ ਜਾਂਦਾ ਵੀ ਕੇਸਾਧਾਰੀ ਹੋਣਗੇ, ਦਸਤਾਰ ਵੀ ਦਿੱਤੀ ਜਾਂਦੀ। ਉਹਨਾਂ ਨੂੰ ਉਸ ਮਾਹੌਲ ਦੇ ਵਿੱਚ ਗੁਰਬਾਣੀ ਨਾਲ ਜੋੜਿਆ ਜਾਂਦਾ ਜੀ। ਤੇ ਆਏ ਵਾਰੀ ਸਾਡੇ ਨਾਲ 8-10 ਤੋਂ ਸਿੰਘ, ਮਤਲਬ ਕਿ ਜਿਹੜੇ ਨਵੇਂ ਸਿੰਘ ਸਜੇ ਹੁੰਦੇ ਆਉਂਦੇ ਆ, ਸਾਡੇ ਲਈ ਪੂਰਾ ਪ੍ਰਭਾਵ ਹੈ ਜੀ। ਇੱਥੇ ਸੰਗਤ ਦੇ ਨਾਲ ਜਿੱਦਾਂ ਵਿੱਚ ਵਿਚਰਦੇ ਆ, ਉਹਨਾਂ ਤੋਂ ਪਤਾ ਲੱਗਦਾ, ਵਿੱਚ ਰਿਸਪੌਂਸ ਮਿਲਦਾ ਵੀ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜੀ। ਸਾਡੇ ਆਪ ਦੇ ਸ਼ਹਿਰ ਦੇ ਵਿੱਚ ਜਿੱਥੇ ਸਾਡੀ ਫੈਡਰੇਸ਼ਨ ਮਤਲਬ ਕੰਮ ਕਰਦੀ, ਇਹ ਉੱਥੋਂ ਸਾਡੇ ਕੋਲੇ ਸਿੰਘ ਦਸਤਾਰ ਸੈਂਟਰ ਤੇ ਨਵੇਂ ਤੋਂ ਨਵੇਂ ਆਉਂਦੇ ਦਸਤਾਰਧਾਰੀ ਹੁੰਦੇ ਆ। ਤੇ ਮਹਾਰਾਜ ਦੀ ਬੜੀ ਕਿਰਪਾ ਵੀ ਸਾਡੀ ਜਿਹੜੀ ਇਹ ਸਫਲ ਹੁੰਦੀ ਹੈ ਕਿਰਤ ਕੀਤੀ ਜੀ। ਹਾਂਜੀ। ਇੱਥੇ ਹੋਰ ਕੀ ਦੇਖਣ ਨੂੰ ਮਿਲਦਾ ਜਦੋਂ ਆਉਣੇ ਹੋ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਿ ਸਿਰ ਫਿਰੇ ਵੀ ਮਿਲ ਜਾਂਦੇ ਨੇ ਕਈ ਵਾਰ। ਉਹਨਾਂ ਤੇ ਬਾਬਾ ਜੀ ਇੱਕ ਗੱਲ ਦੀ ਬੜੀ ਖੁਸ਼ੀ ਆ, ਮਹਾਰਾਜ ਦੀ ਕਿਰਪਾ। ਦੇਖੋ ਅਨੰਦਪੁਰ ਸਾਹਿਬ ਜੋ ਭਾਣਾ ਸਿੰਘ ਨਾਲ ਵਾਪਰਿਆ ਹੈ ਨਾ ਜੀ, ਉਹਨਾਂ ਨੇ ਸ਼ਹੀਦੀ ਹੋ ਗਈ। ਇਸੇ ਗੱਲ ਨੂੰ ਰੋਕਣ, ਹੱਲੇ ਗੁੱਲੇ ਨੂੰ ਰੋਕਣ ਦੇ ਲਈ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਸੀਗਾ, ਤੇ ਉਹਨਾਂ ਨੂੰ ਆਪਦੀ ਚਲੋ ਜਵਾਨ ਗਵਾਉਣੀ ਪਈ ਉਹ ਕੌਮ ਦੇ ਲਈ, ਪਰ ਬੜਾ ਕੰਮ ਹੀ ਇੱਥੇ ਐਤਕੀ ਇਹ ਗੱਲ ਵੇਖੀ, ਐਤਕੀ ਜਿਹੜੀ ਇਹ ਰੋਕ ਟੋਕ ਹੈ ਸ਼ੋਰ ਸ਼ਰਾਬੇ ਦਾ ਬੜਾ ਫਰਕ ਹੈ ਜੀ। ਇਹ ਚੀਜ਼ ਹੋਣੀ ਨਹੀਂ ਚਾਹੀਦੀ। ਦੇਖੋ ਕਿਤੇ ਕੋਈ ਪ੍ਰਚਾਰ ਵੀ ਚੱਲ ਰਿਹਾ ਹੁੰਦਾ ਹੈ, ਕਿਤੇ ਕੋਈ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਜਾਂ ਕੋਈ ਆਪਦੇ ਹੈ ਨਾ ਇਤਿਹਾਸ ਦੱਸ ਰਿਹਾ, ਇੰਨੇ ਸ਼ੋਰ ਸ਼ਰਾਬੇ, ਟਰੈਕਟਰ ਨਾਲੀਆਂ, ਬੇਸਾਂ ਰੇਸਾਂ, ਇਹ ਸਾਰਾ ਚੀਜ਼ਾਂ ਬਈ ਇੱਥੋਂ ਦਾ ਮਾਹੌਲ ਖਰਾਬ ਕਰ ਦਿੰਦੀਆਂ ਜੀ। ਤੇ ਇਹ ਚੀਜ਼ ਚਾਹੀਦੀਆਂ ਸਿੰਘਾਂ ਨੂੰ, ਕਹਿੰਦਾ ਵੀ ਇਹ ਧੱਕਾ ਕਰਦੇ ਸਾਡੇ ਨਾਲ, ਕੁੱਟਮਾਰ ਕਰਦੇ ਜਾਂ ਕੁਛ ਕਰਦੇ, ਇਹ ਚੀਜ਼ ਨਹੀਂ, ਕਿਸੇ ਦਾ ਮਨ ਨਹੀਂ ਕਰਦਾ। ਇੱਥੋਂ ਦਾ ਜੇ ਮਾਹੌਲ ਹੀ ਇੱਦਾਂ ਦਾ ਬਣਿਆ ਹੋਵੇ, ਸਾਰਿਆਂ ਦੇ ਮਨ ਦੇ ਅੰਦਰੋਂ ਉਹ ਗੱਲ ਜਾਗਦੀ ਹੋਵੇ, ਸਾਹਿਬਜ਼ਾਦਿਆਂ ਨਾਲ ਪ੍ਰੇਮ ਹੋਵੇ ਨਾ, ਲੱਗੀ ਹੋਵੇ ਗੱਲ ਨੂੰ, ਤੇ ਸਾਨੂੰ ਨਹੀਂ ਲੋੜ ਮੈਨੂੰ ਲੱਗਦਾ ਵੀ ਕਿਸੇ ਨੂੰ ਰੋਕਣ ਟੋਕਣ ਦੀ। ਸਾਰੇ ਇਹ ਮਨ ਦੇ ਵਿੱਚ ਮਨਚਾ ਲੈ ਕੇ ਆਉਂਦੇ ਲੋਕੀ। ਇਹ ਅੱਧੇ ਤਾਂ ਇਹੀ ਆਉਂਦੇ, ਉਹਨਾਂ ਨੂੰ ਕਹਿਣਗੇ ਅਸੀਂ ਮੇਲੇ ਤੇ ਚੱਲੇ, ਮੇਲਾ ਨਹੀਂ ਗਏ, ਸਭਾ ਹੈ ਜੀ ਇਹ ਜੋੜ ਮੇਲਾ। ਉਹਨਾਂ ਦੀ ਯਾਦ ਵਿੱਚ ਬਹਿ ਕੇ ਜੁੜਨਾ,
ਉਹਨਾਂ ਬਾਰੇ ਗੱਲਬਾਤ ਕਰਨੀ, ਉਹਨਾਂ ਦੀ ਜਿਹੜੀ ਉਹਨਾਂ ਦੇ ਚਾਨਣਾ ਪਾਉਣੀ ਉਸ